ਜਿਹੜਾ ਵਿਰੋਧ ਸੀਗਾ ਉਸ ਵਿਰੋਧ ਦੇ ਵਿੱਚ ਭਦੌੜ ਹਲਕੇ ਦੇ ਵਿਧਾਇਕ ਇਹ ਕਹਿੰਦੇ ਨਜ਼ਰ ਆਏ ਨੇ ਕਿ ਤੇਰੇ ਥੱਪੜੇ ਮਾਰੇ ਜਾਣਗੇ, ਤੈਨੂੰ ਥੱਲੇ ਸੁੱਟਿਆ ਜਾਊਗਾ। ਵੀਰ ਜੀ ਉਹ ਸਾਰੇ ਪਿੰਡ ਦੇ ਵੱਜ ਗਿਆ। ਉਹਨਾਂ ਨੇ ਬਹੁਤ ਗਲਤ ਕਰਿਆ। ਸਰਪੰਚ ਸਾਹਿਬ ਦੇ ਨਾਲ ਸਾਰਾ ਪਿੰਡ ਆ ਜੀ ਖੜਾ। ਮਹੱਲਾ ਕਲੀਨਿਕ ਚਾਹੁੰਦੇ ਹੋ ਪਿੰਡ ਦੇ ਵਿੱਚ? ਇਹ ਗੱਲ ਸਾਰੇ ਲੋਕ ਚਾਹੁੰਦੇ ਨੇ। ਸਾਡੇ ਹਸਪਤਾਲ ਸੀਗੇ ਬਣਿਆ ਵੱਡਾ ਹਸਪਤਾਲ ਚੱਕ ਕੇ ਸਰਪੰਚ ਸਾਹਿਬ ਕਹਿੰਦੇ ਸੀ ਇੱਥੇ ਸਾਨੂੰ ਜਗ੍ਹਾ ਦੇ ਦਿਓ, ਬਣੇ ਵੀ ਕਮਰੇ ਇੱਥੇ ਬਣਾ ਲਓ। ਉਹ ਤਾਂ ਇੱਕ ਜਿੱਦਬਾਜ਼ੀ ਵਾਲੀ ਗੱਲ ਹੈ ਜੀ। ਭਗਵੰਤ ਮਾਨ ਇੱਥੇ ਵਾਅਦਾ ਵੀ ਕਰਕੇ ਗਿਆ ਸੀ, ਕਹਿੰਦਾ ਮੈਂ 25 ਬਿਸਤਰਿਆਂ ਦਾ ਹਸਪਤਾਲ ਬਣਾਊਂ। ਇਹ ਵੀ ਸਟੇਜ ਤੇ ਬੋਲ ਕੇ ਗਿਆ ਸੀ। ਜੋ ਕੱਲ ਸਰਪੰਚ ਨੇ ਕਿਹਾ, ਕਹਿੰਦਾ ਇਹ ਕੀ ਕਰ ਰਹੇ ਹੋ, ਉਹ ਸਰਪੰਚ ਨੂੰ ਪੁੱਠਾ ਬੋਲਿਆ, ਕਹਿੰਦਾ ਤੇਰੇ ਮਾਰ ਕੇ ਲਫੇੜੇ ਤੈਨੂੰ ਅੰਦਰ ਛੱਡਿਆ ਹੋਵੇ, ਤੈਨੂੰ ਫੇਰ ਪਤਾ ਲੱਗੇ। ਇਹ ਕਹਿੰਦਾ ਜੀ ਇੱਥੇ ਫ੍ਰੀ ਟੈਸਟ ਹੋਇਆ ਕਰਨਗੇ। ਇਹਦੇ ਪਿੰਡ ਮਹੱਲਾ ਕਲੀਨਿਕ ਬਣਿਆ, ਜਾ ਕੇ ਪਹਿਲਾਂ ਉੱਥੇ ਦੇਖੋ ਵੀ ਉਹ ਕਿੰਨੇ ਕੁ ਟੈਸਟ ਹੁੰਦੇ ਆ। ਉੱਥੇ ਜਿੰਦਾ ਲੱਗਿਆ ਪਿਆ। ਜਿਹੜਾ ਮਾੜਾ ਮੋਟਾ ਇੱਥੇ ਗਰੀਬ ਜਨਤਾ ਨੂੰ ਸਹੂਲਤ ਮਿਲਦੀ ਸੀ ਉਹ ਵੀ ਗਈ। ਜੇ ਹੁਣ ਇਹ ਲੋਕ ਦੁਨੀਆ ਉੱਪਰ ਨੂੰ ਜਾ ਰਹੀ ਹੈ, ਸਾਡੇ ਪਿੰਡ ਨੂੰ ਥੱਲੇ ਨੂੰ ਲੈ ਕੇ ਜਾ ਰਹੇ ਆ। ਇਹ ਆਉਣਗੇ ਵੋਟਾਂ ਮੰਗਣ, ਫਿਰ ਕੀ ਉਹਨਾਂ ਨੂੰ ਪੁੱਛੋਗੇ ਕੋਈ ਗੱਲ? ਤਾਂ ਪਿੰਡ 'ਚ ਵੀ ਨਹੀਂ ਵੜਨ ਦਿੰਦੇ ਜੀ। ਉਹੋ ਜਿਹੇ ਬੰਦੇ ਨੂੰ ਵੀ ਸਾਡੇ ਪਿੰਡ 'ਚ ਖੁਸ਼ੀ ਆਵੇ, ਸਾਰਾ ਪਿੰਡ ਹੀ ਬਾਈਕਾਟ ਕਰੂਗਾ। ਵਾਢਿਓ ਲਾ ਉਹਨਾਂ ਦਾ। ਸਾਡਾ ਸਰਪੰਚ ਚੁਣਿਆ ਵਾ, ਸਾਰੇ ਪਿੰਡ ਦਾ ਚੁਣਿਆ ਵਾ। ਇਹ ਥੋੜਾ ਵੀ ਉਹਨੂੰ ਜਦੋਂ ਉਹਦੀ ਹੱਦ ਕਰ ਗਿਆ ਬਾਕੀ ਕੀ ਰਹਿ ਗਿਆ ਪਿੱਛੇ ਸਾਡੇ ਕੋਲ? ਆਪਣੀ ਉਮਰ ਦੇ ਵਿੱਚ ਕਦੇ ਦੇਖਿਆ ਸੀ ਇਹੋ ਜਿਹਾ ਕੁਝ ਐਮਐਲਏ ਵੱਲੋਂ ਸਰਪੰਚ ਨੂੰ ਬੋਲਿਆ ਗਿਆ? ਅਸੀਂ ਇਹੋ ਜਿਹਾ ਬੰਦਾ ਅੱਜ ਤੱਕ ਦੇਖਿਆ ਹੀ ਨਹੀਂ ਸੀ। ਇਹ ਕਹਿੰਦਾ ਸੀ ਵੀ ਬਦਲਾਅ ਕਰੂੰਗਾ। ਹੁਣ ਥਾਂ ਥਾਂ ਤਾਂ ਚੋਰੀਆਂ ਹੋਈ ਜਾਂਦੀਆਂ, ਥਾਂ ਥਾਂ ਕੋ ਜਿੱਥੇ ਮਰਜ਼ੀ ਲੁੱਟ ਖੋਹ ਹੋਈ ਜਾਂਦੀ ਆ। ਆ ਸਾਡੇ ਭੜਾਂ ਵਾਲੇ ਰਾਹ ਦੇ ਵਿੱਚ ਕੋਈ ਨਹੀਂ ਲੰਘਣ ਦਿੰਦਾ ਹੈ। ਇਹਦੇ ਰਾਜ ਦੇ ਵਿੱਚ ਬਦਲਾਅ ਹੋਇਆ ਵਾ। ਕੁਲਚਾਂ ਵਾਲੇ ਤੋਂ ਵੀ ਪੈਸੇ ਖੋਹੀ ਜਾਂਦੇ। ਭਾਈ ਜੀ ਸਾਡੀ ਸਾਥੋਂ ਗਲਤੀ ਇੱਕ ਬਹੁਤ ਬੜੀ ਇਹ ਹੋ ਚੁੱਕੀ ਆ, ਜਿਹਦਾ ਅਸੀਂ ਅੱਜ ਖਮਿਆਜਾ ਭੁਗਤ ਰਹੇ ਹਾਂ ਕਿ ਅਸੀਂ ਵਿਰੋਧੀ ਧਿਰ ਹੀ ਨਹੀਂ ਰੱਖੀ। ਅਸੀਂ 92 ਦੀਆਂ 92 ਸੀਟਾਂ ਇਹਨਾਂ ਨੂੰ ਦੇ ਬੈਠੇ, ਜਦ ਕਿ ਵਿਰੋਧੀ ਧਿਰ ਹੁੰਦੀ ਤਾਂ ਅੱਜ ਇਹ ਇਹਨਾਂ ਗੱਲਾਂ ਤੇ ਨਾ ਉਤਰਦੇ, ਕਿਉਂਕਿ ਹੁਣ ਕੋਈ ਬੋਲਣ ਵਾਲਾ ਹੈ ਹੀ ਨਹੀਂ। ਅਸੀਂ ਬਖਸ਼ਦੇ ਨਹੀਂ ਸੀਗੇ। ਇੱਕ ਬੰਦਾ ਕੱਲ ਤਾਂ ਸਾਨੂੰ ਹੱਥ ਬੰਨ੍ਹ ਕੇ ਵੋਟਾਂ ਮੰਗਦਾ, ਮੇਰੀ ਮਦਦ ਕਰੋ। ਅਗਲੇ ਦਿਨ ਸਾਨੂੰ ਆ ਕੇ ਲਫੇੜੇ ਦਿਖਾਉਂਦਾ, ਕਹਿੰਦਾ ਤੁਹਾਨੂੰ ਜੇਲ੍ਹ 'ਚ ਛੱਡਿਆ ਹੋਵੇ, ਫਲਾਨਾ ਕਰਿਆ ਹੋਵੇ। ਉਹਨੂੰ ਅਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ? ਨਹੀਂ ਕਰਦੇ। ਐਸਐਚਓ ਸਾਹਿਬ ਤੁਸੀਂ ਕੱਲ ਨਾਲ ਸੀਗੇ ਜਿਹੜੀ ਘਟਨਾ ਵਾਪਰੀ ਆ, ਇੱਥੇ ਹੋਇਆ ਜੋ ਕੁਝ ਹੋਇਆ, ਤੁਸੀਂ ਕੱਲ ਨਾਲ ਸੀਗੇ? ਜਿਹੜਾ ਇੱਥੇ ਕੱਲ ਵਿਧਾਇਕ ਦੇ ਨਹੀਂ, ਆਪਾਂ ਵੀ ਗੱਲ ਬਹੁਤ ਬਾਹਲੀ ਜ਼ਰੂਰੀ ਆ ਗੱਲ ਜਿਹੜੀ ਆਪਾਂ ਕਰ ਰਹੇ ਹਾਂ, ਲੋਕਾਂ ਦੀ ਮਸਲਾ ਹੈਗਾ। ਇਹਨੂੰ ਕਦੇ ਵੀ ਗਾਹਾਂ ਨੂੰ ਸਾਡੇ ਪਿੰਡ 'ਚ ਨਾ ਵੜੇ, ਬਸ ਅਸੀਂ ਤਾਂ ਇਹ ਤੋਂ ਬਿਨਾਂ ਹੀ ਚੰਗੇ ਆ। ਕਹਿ ਦਈਏ ਵੀ ਗਾਹਾਂ ਨੂੰ ਨਾ ਬੜੇ ਸਹਿਣੇ 'ਚ, ਕਹਿੰਦੇ ਵੀ ਸਾਡੇ ਪਿੰਡ 'ਚ ਨਾ ਵੜੇ ਐਮਐਲਏ। ਹੁਣ ਪਛਤਾਉਣੇ ਹੋ ਵੀ ਜਾਂ ਬਾਦਲਾਂ ਨੂੰ ਹੀ ਵੋਟ ਪਾ ਕੇ ਜਿਤਾ ਦਿੰਦੇ, ਜਾਂ ਚੰਨੀ ਵਰਗਿਆਂ ਨੂੰ ਜਿਤਾ ਦਿੰਦੇ? ਅਸੀਂ ਤਾਂ ਜਮਾ ਪਛਤਾਉਨੇ ਆ। ਸਾਨੂੰ ਤਾਂ ਪਤਾ ਨਹੀਂ ਸੀ ਵੀ ਅਸੀਂ ਤਾਂ ਕਿ ਵੀ ਗਰੀਬ ਘਰ ਦਾ ਪੁੱਤਾ ਚੱਲ ਬਣਾ ਦਿੰਨੇ ਆ। ਇਹਨੂੰ ਤਾਂ ਸਾਰੇ ਨੂੰ ਜਮਾ ਹੀ ਮੱਤ ਨਹੀਂ। ਮਾਨ ਸਾਹਿਬ ਤੁਸੀਂ 5 ਲੱਖ ਦਾ ਐਲਾਨ ਕਰਦੇ ਹੋ, ਦੂਜੇ ਪਾਸੇ ਐਮਐਲਏ ਗਾਲਾਂ ਕੱਢ ਰਹੇ ਨੇ। ਜੋ ਕਰਕੇ ਹਰੇਕ ਆਦਮੀ ਦੇ ਦੁੱਖ ਸੁੱਖ ਸਰਪੰਚ ਸੁਣਦਾ ਹੈ। ਐਮਐਲਏ ਨਹੀਂ ਸੁਣ ਸਕਦਾ, ਐਮਪੀ ਨਹੀਂ ਸੁਣ ਸਕਦਾ, ਹੋਰ ਕੋਈ ਨਹੀਂ ਸੁਣ ਸਕਦਾ। ਸਰਪੰਚ ਹੈ ਜਿਹੜਾ ਸਾਰੇ ਦੁੱਖ ਤਕਲੀਫ ਸੁਣਦਾ ਹੈਗਾ। ਗੱਲ ਕਰੀਏ ਇਹ ਮੁੱਦਾ ਜਿਹੜਾ ਇਹ ਗਾਲਾਂ ਕੱਢੀਆਂ ਗਈਆਂ ਐਮਐਲਏ ਦੇ ਵੱਲੋਂ, ਤੁਸੀਂ ਲੋਕ ਸਭਾ ਦੇ ਵਿੱਚ ਇਹ ਚੁੱਕੋਗੇ? ਜੇ ਟਾਈਮ ਮਿਲਿਆ ਤਾਂ ਚੱਕਾਂਗੇ, ਪਰ ਇਹ ਮੇਰਾ ਮਤਲਬ ਹੋਰ ਬੜੇ ਮੁੱਦੇ ਹੁੰਦੇ ਆ। ਕੱਲੇ ਸਰਪੰਚ ਨੂੰ ਨਾ ਕਹ ਸਾਰੇ ਪਿੰਡ ਨੂੰ ਕੱਢੀਆਂ ਜਾਂ ਇੱਥੇ ਆਏ ਦਿਨ ਬਾਲੇ ਸਾਡੇ ਨਾਲ ਅੱਜ ਤੇ ਮਰਜ਼ੀ ਆਏ। ਹਾਂ ਸਾਰੇ ਐਮਐਲਏ ਲੈਬ ਸ਼ਕਾਬ ਦੇ ਇੰਨੀ ਜ਼ਿਆਦਾ ਪੁਲਿਸ ਬੁਲਾ ਲਈ। ਤੁਹਾਨੂੰ ਪਤਾ ਹੁਣ ਵੀ ਅੱਜ ਗਲਾ ਵੀ ਦੁਖੀ ਜਾਂਦੇ ਆ। ਕੱਲ ਉੱਥੇ ਇੰਨਾ ਰੋਸ ਪ੍ਰਦਰਸ਼ਨ ਹੋਇਆ, ਲੋਕਾਂ ਨੇ ਇੰਨੀ ਭੈੜੀ ਹਾਲਤ ਕੀਤੀ ਵਿਧਾਇਕ ਨਾਲ। ਜਦੋਂ ਉਹਨੇ ਇਹ ਗੱਲ ਕਹੀ ਵੀ ਤੈਨੂੰ ਥੱਪੜ ਮਾਰ ਕੇ ਸੱਤਾ ਦੇ ਨਸ਼ੇ 'ਚ ਕਿਹਾ ਵੀ ਜੇ ਤੈਨੂੰ ਥੱਪੜ ਮਾਰ ਕੇ ਅੰਦਰ ਸਿੱਟਿਆ ਹੁੰਦਾ ਤਾਂ ਤੈਨੂੰ ਪਤਾ ਲੱਗ ਜਾਂਦਾ, ਪਰ ਉਹਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਸੀ। 22,000 ਆਬਾਦੀ ਵਾਲਾ ਇਹ ਕਸਬਾ ਗਾ, ਇੱਥੇ ਮਹੱਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਦੀ ਸਾਨੂੰ ਲੋੜ ਨਹੀਂ। ਉਹਦੇ ਪਿਓ ਦੇ ਕਾਤਲ ਨੂੰ ਆਪ ਕਹੇ ਹੋਵੇ ਅੰਦਰ, ਉਹਦਾ ਪਿਓ ਉਹ ਤੋਂ ਮਰਿਆ। ਅਸੀਂ ਕਹਿੰਦੇ ਉਹਦਾ ਪਿਓ ਉਹਨੇ ਮਾਰਿਆ ਆਪ। ਕੋਈ ਸਬੂਤ ਹੈ? ਤੁਸੀਂ ਇਹ ਗੱਲ ਬੜੀ ਵੱਡੀ ਕਹਿ ਰਹੇ ਹੋ ਅੱਜ ਇੱਥੇ ਖੜ ਕੇ ਲੋਕਾਂ ਨੇ, ਕਿਉਂਕਿ ਸੋ ਪੰਜਾਬ ਸਰਕਾਰ ਦੇ ਵੱਲੋਂ ਮੁਹੱਲਾ ਕਲੀਨਿਕਾਂ ਦੀ ਗੱਲ ਕਰੀ ਗਈ ਤਾਂ ਮੁਹੱਲਾ ਕਲੀਨਿਕਾਂ ਨੂੰ ਦੇਖਦੇ ਹੋਏ ਪਿੰਡ ਸੈਣਾ ਦੇ ਵਿੱਚ ਕੱਲ ਇੱਕ ਵਿਰੋਧ ਦਾ ਸਾਹਮਣਾ ਕਰਨਾ ਪਿਆ। ਤਾਂ ਅਸੀਂ ਅੱਜ ਪਿੰਡ ਸੈਣਾ ਦੇ ਵਿੱਚ ਖੜੇ ਹਾਂ, ਤੁਸੀਂ ਦੇਖ ਸਕਦੇ ਹੋ ਇੱਥੇ ਪਿੰਡ ਦੇ ਲੋਕ ਵੀ ਇਕੱਠੇ ਹੋ ਰਹੇ ਨੇ। ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹ ਮੁਹੱਲਾ ਕਲੀਨਿਕ ਚਾਹੁੰਦੇ ਨੇ ਜਾਂ ਨਹੀਂ ਚਾਹੁੰਦੇ। ਤਾਂ ਤੁਸੀਂ ਪਹਿਲਾਂ ਇਹ ਤਸਵੀਰਾਂ ਦੇਖੋ, ਇਸ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪੰਚਾਇਤ ਘਰ ਗ੍ਰਾਮ ਪੰਚਾਇਤ ਸੈਣਾ ਸੰਨ 2020 ਦੇ ਵਿੱਚ ਜਿਹੜਾ ਕਿ ਪੰਚਾਇਤ ਘਰ ਬਣਾਇਆ ਗਿਆ ਸੀ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦੇ ਵੱਲੋਂ। ਤਾਂ ਉਸ ਦਾ ਕੱਲ ਭਦੌੜ ਹਲਕੇ ਦੇ ਵਿਧਾਇਕ ਦੇ ਨਾਲ ਵਿਰੋਧ ਸ਼ੁਰੂ ਹੋ ਗਿਆ। ਜਿਹੜਾ ਵਿਰੋਧ ਸੀਗਾ ਉਸ ਵਿਰੋਧ ਦੇ ਵਿੱਚ ਭਦੌੜ ਹਲਕੇ ਦੇ ਵਿਧਾਇਕ ਇਹ ਕਹਿੰਦੇ ਨਜ਼ਰ ਆਏ ਨੇ ਕਿ
ਤੇਰੇ ਥੱਪੜੇ ਮਾਰੇ ਜਾਣਗੇ, ਤੈਨੂੰ ਥੱਲੇ ਸੁੱਟਿਆ ਜਾਊਗਾ। ਅਜਿਹੀਆਂ ਗੱਲਾਂ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀਆਂ ਨੇ। ਤਾਂ ਅਸੀਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਜਿਵੇਂ ਇੰਡੋਜ਼ ਟੀਵੀ ਤੇ ਅਸੀਂ ਤੁਹਾਨੂੰ ਇੱਕ ਇੰਟਰਵਿਊ ਸੁਖਵਿੰਦਰ ਸਿੰਘ ਕਲਕੱਤਾ ਦੀ ਦਿਖਾਈ ਆ, ਤਾਂ ਉਸ ਇੰਟਰਵਿਊ ਦੇ ਚੱਲਦਿਆਂ ਹੀ ਅਸੀਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕਰੀ, ਪਰ ਵਿਧਾਇਕ ਦਾ ਜਿਹੜਾ ਫੋਨ ਸੀ ਉਹਨਾਂ ਦੇ ਵੱਲੋਂ ਚੁੱਕਿਆ ਨਹੀਂ ਗਿਆ, ਬਿਜੀ ਕਰ ਦਿੱਤਾ ਗਿਆ। ਤਾਂ ਅਜਿਹੀਆਂ ਜਿਹੜੀਆਂ ਕਿ ਅਸੀਂ ਗੱਲਾਂ ਬਾਤਾਂ ਅੱਜ ਇੱਥੋਂ ਦੇ ਲੋਕਾਂ ਦੇ ਨਾਲ ਕਰਾਂਗੇ। ਜਿਹੜੇ ਪਿੰਡ ਦੇ ਵਿੱਚੋਂ 4200 ਵੋਟ ਲਾਭ ਸਿੰਘ ਉਗੋਕੇ ਨੂੰ ਪਈ ਹੋਵੇ, ਤਾਂ ਉਸ ਪਿੰਡ ਦੇ ਸਰਪੰਚ ਦੇ ਨਾਲ ਅਜਿਹੀ ਵਧੀਕੀ ਆਖਰ ਹੋਈ ਕਿਵੇਂ? ਤਾਂ ਅਸੀਂ ਗੱਲਬਾਤ ਕਰਦੇ ਹਾਂ, ਅੰਦਰ ਚੱਲਦੇ ਹਾਂ ਇਸ ਪੰਚਾਇਤ ਘਰ ਦੇ ਵਿੱਚ। ਬਈ ਬਹੁਤ ਬਹੁਤ ਸਵਾਗਤ ਆ ਪਹਿਲਾਂ ਤੁਹਾਡਾ। ਅਸੀਂ ਤੁਹਾਡੇ ਪਿੰਡ ਦੇ ਵਿੱਚ ਪਹੁੰਚੇ ਹਾਂ। ਜਿਹੜੀ ਕੱਲ ਵਧੀਕੀ ਹੋਈ ਆ ਉਸ ਦਾ ਕੀ ਕਾਰਨ ਸੀ, ਕਿਉਂ ਹੋਈ ਆ ਉਹ ਵਧੀਕੀ? ਜੀ ਬਹੁਤ ਜ਼ਿਆਦਾ ਬਹੁਤ ਗਲਤ ਕਰਿਆ ਜੀ ਉਹਨਾਂ ਨੇ। ਜੇ ਉਹ ਸਮੇਂ ਨੂੰ ਦੇਖਦੇ ਹੋਏ ਉਹ ਗੱਲ ਨੂੰ ਟਾਲ ਸਕਦੇ ਸੀਗੇ ਜੀ। ਉਹਨਾਂ ਨੇ ਬਹੁਤ ਗਲਤ ਕਰਿਆ। ਸਰਪੰਚ ਸਾਹਿਬ ਦੇ ਨਾਲ ਸਾਰਾ ਪਿੰਡ ਆ ਜੀ ਖੜਾ, ਤੇ ਉਹਨਾਂ ਦੀ ਬਹੁਤ ਵੱਡੀ ਇਹ ਚੀਜ਼ ਤੇ ਗਲਤੀ ਆ, ਨਲਾਇਕੀ ਆ। ਜੇ ਐਮਐਲਏ ਆਮ ਲੋਕਾਂ ਦੇ ਚੁਣ ਕੇ ਇਹੋ ਜਿਹਾ ਕੁਝ ਕਰਨਗੇ ਤਾਂ ਲੋਕ ਕਿੱਥੇ ਜਾ ਕੇ ਆਪਣੀ ਸੁਣਵਾਈ ਕਰਨਗੇ ਜੀ। ਬਸ ਮੈਂ ਤਾਂ ਇੰਨਾ ਕਹਿੰਦਾ ਹੋਇਆ ਜੀ। ਬਈ ਜੀ ਮੁਹੱਲਾ ਕਲੀਨਿਕ ਚਾਹੁੰਦੇ ਹੋ ਕਿਉਂਕਿ ਪਿੰਡ ਦਾ ਸਰਪੰਚ ਵੀ ਲੋਕਾਂ ਦੇ ਵੱਲੋਂ ਚੁਣਿਆ ਗਿਆ ਤੇ ਵਿਧਾਇਕ ਵੀ ਲੋਕਾਂ ਦੇ ਵੱਲੋਂ ਚੁਣਿਆ ਗਿਆ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ, ਤਾਂ ਫਿਰ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਕਿਉਂ ਭੱਜੇ ਲਾਭ ਸਿੰਘ ਉਗੋਕੇ? ਤਾਂ ਅਸੀਂ ਇੱਥੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਜੀ ਮੁਹੱਲਾ ਕਲੀਨਿਕ ਚਾਹੁੰਦੇ ਹੋ ਪਿੰਡ ਦੇ ਵਿੱਚ? ਨਹੀਂ ਚਾਹੁੰਦੇ ਜੀ। ਵਾਹਿ ਖਾਲਸਾ ਵਾਹਿ ਫਤਿਹ। ਇਹ ਗੱਲ ਸਾਰੇ ਲੋਕ ਚਾਹੁੰਦੇ ਨੇ। ਸਾਡੇ ਹਸਪਤਾਲ ਸੀਗੇ ਬਣਿਆ ਵੱਡਾ, ਹਸਪਤਾਲ ਚੱਕ ਕੇ ਸਰਪੰਚ ਸਾਹਿਬ ਕਹਿੰਦੇ ਸੀ ਇੱਥੇ ਸਾਨੂੰ ਜਗ੍ਹਾ ਦੇ ਲਓ, ਬਣੇ ਵੀ ਕਮਰੇ ਇੱਥੇ ਬਣਾ ਲਓ। ਉਹ ਤਾਂ ਇੱਕ ਜਿੱਦਬਾਜ਼ੀ ਵਾਲੀ ਗੱਲ ਆ ਜੀ। ਗਲਤ। ਸਾਡਾ ਤਾਂ ਹਸਪਤਾਲ ਬਣਿਆ ਵਾ, ਹਸਪਤਾਲ ਚੱਕਦੇ ਆ, ਲਾਉਂ ਵੀ ਬਣਾਉਂਦੇ ਆ। ਅਸੀਂ ਤਾਂ ਮੰਨਦੇ ਨਹੀਂ ਇਹ ਗੱਲ ਨੂੰ। ਅਸੀਂ ਤਾਂ ਕਹਿੰਦੇ ਸਾਡੀ ਚਾਹੀਦੀ ਨਹੀਂ ਇਹ ਹਸਪਤਾਲ ਹੈਗਾ ਸਾਡੇ ਕੀ ਲੋੜ ਹੈ। ਜਿਹੜੇ ਥੱਪੜੇ ਮਾਰਨ ਦੀ ਗੱਲ ਕਰੀ ਲਾਭ ਸਿੰਘ ਉਗੋਕੇ ਦੇ ਵੱਲੋਂ, ਬਹੁਤ ਗਲਤ ਗੱਲ ਕਰੀ। ਸਾਰੇ ਪਿੰਡ ਨੂੰ ਕਿਹਾ ਜੀ ਕਿ ਸਰਪੰਚ ਥੋੜ੍ਹਾ ਕਿਹਾ ਚੁਣਿਆ ਵਾ, ਤਾਂ ਸਰਪੰਚ ਪਿੰਡ ਦਾ ਹੀ ਆ ਨਾ। ਚੁਣੇ ਬੰਦੇ ਨੂੰ ਕਹਿਣਾ, ਸਰਪੰਚ ਨੂੰ ਕਹਿਣਾ, ਤਾਂ ਸਾਨੂੰ ਕਿਹਾ, ਤਾਂ ਸਾਰੇ ਪਿੰਡ ਨੂੰ ਕਿਹਾ ਜੀ। ਹਾਂ ਗਲਤ ਕਿਹਾ ਸਾਨੂੰ, ਬਹੁਤ ਗਲਤ ਕਰਿਆ ਜੀ। ਹਾਂਜੀ ਉਹ ਕੱਲਾ ਸਰਪੰਚ ਦੇ ਥੱਪੜ ਨਹੀਂ ਵੱਜਿਆ ਜੀ ਵੀਰ ਜੀ, ਉਹ ਸਾਰੇ ਪਿੰਡ ਦੇ ਵੱਜ ਗਿਆ। ਬਾਕੀ ਉਹ ਜਿੱਥੇ ਉਹਨਾਂ ਨੇ ਮੁਹੱਲਾ ਕਲੀਨਿਕ ਬਣਾਇਆ, ਉਹ ਜਿਹੜੀ ਇਹ ਬਿਲਡਿੰਗ ਆ ਉਹ ਅੰਗਰੇਜ਼ਾਂ ਦੇ ਟਾਈਮ ਦੀ ਬਣੀ ਹੋਈ ਆ। ਉਹਦੇ ਤੇ 2 ਪੀਪੀਆਂ ਰੰਗ ਦੀਆਂ ਕਰਕੇ ਤੇ 2000 ਲੋਕੇਟ ਲਾ ਕੇ ਉਸੇ ਨੂੰ ਦੁਬਾਰੇ ਇਹਨਾਂ ਨੇ ਤਿਆਰ ਕੀਤਾ। ਜਦ ਕਿ ਸਰਪੰਚ ਸਾਹਿਬ ਨੇ ਇਹ ਗੱਲ ਆਖੀ ਸੀ ਵੀ ਤੁਸੀਂ ਬਣਾਉਣਾ ਜੀ ਸਦਕੇ ਬਣਾਓ, ਕੋਈ ਇਤਰਾਜ਼ ਨਹੀਂ ਸਾਨੂੰ, ਤੁਹਾਨੂੰ ਜਗ੍ਹਾ ਦੇ ਦਿੰਨੇ ਆ। ਜੇ ਤੁਸੀਂ ਤੁਹਾਡੇ ਕੋਲੇ ਬਣਾਉਣ ਨੂੰ ਪੈਸੇ ਨਹੀਂ ਹੈਗੇ, ਅਸੀਂ ਤੁਹਾਨੂੰ ਬਣੀ ਬਣਾਈ ਬਿਲਡਿੰਗ ਦੇ ਦਿੰਨੇ ਆ। ਤੇ ਇਹਦੇ ਉੱਪਰ ਹੋਰ ਉਹਨਾਂ ਨੂੰ ਕੀ ਚਾਹੀਦਾ ਸੀ? ਜਦ ਕਿ ਸਰਪੰਚ ਸਾਹਿਬ ਨੇ ਇਹ ਕਹਿਤਾ ਸੀ 1 ਤੋਲਾ ਗੋਲਡ ਦੇ ਨਾਲ ਸਨਮਾਨਿਤ ਕਰਾਂਗੇ ਅਸੀਂ ਐਮਐਲਏ ਸਾਹਿਬ ਨੂੰ। ਹੋਰ ਇਹਦੇ ਉੱਪਰ ਦੀ ਉਹਨਾਂ ਨੂੰ ਕੀ ਚਾਹੀਦਾ ਸੀ? ਉਹ ਤਾਂ ਇੱਕ ਗੁੰਡਾਗਰਦੀ ਵਾਲਾ ਕੰਮ ਹੈ ਜੀ ਜਿਹੜਾ ਉਹ ਕਰਕੇ ਗਏ ਨੇ ਪਹਿਲੀਆਂ ਸਰਕਾਰਾਂ ਵਾਂਗੂ ਜਮਾ ਜੀ। ਇਹ ਤਾਂ ਪਹਿਲੀਆਂ ਦਾ ਵੀ ਰਿਕਾਰਡ ਤੋੜਤਾ, ਪਹਿਲੀਆਂ ਦੇ ਵੀ ਰਿਕਾਰਡ ਤੋੜਤਾ। ਆ ਪੱਖੋ ਇਹ ਕਹਿੰਦਾ ਜੀ ਇੱਥੇ ਫ੍ਰੀ ਟੈਸਟ ਹੋਇਆ ਕਰਨਗੇ। ਇਹਦੇ ਪਿੰਡ ਮੁਹੱਲਾ ਕਲੀਨਿਕ ਬਣਿਆ, ਜਾ ਕੇ ਪਹਿਲਾਂ ਉੱਥੇ ਦੇਖੋ ਵੀ ਉਹ ਕਿੰਨੇ ਕੁ ਟੈਸਟ ਹੁੰਦੇ ਆ। ਉੱਥੇ ਜਿੰਦਾ ਲੱਗਿਆ ਪਿਆ। ਪੱਖੋ ਪਿੰਡ ਆ ਜੀ, ਉੱਥੇ ਜਿੰਦਾ ਲੱਗ ਗਿਆ। ਤੇ ਇੱਥੋਂ ਜਦੋਂ ਇਹਨੇ ਮੁਹੱਲਾ ਕਲੀਨਿਕ ਬਣਾਇਆ, ਉੱਥੇ ਸਾਡੇ ਪਿੰਡੋਂ ਡਾਕਟਰ ਚਲਾ ਗਿਆ। ਜਿਹੜਾ ਮਾੜਾ ਮੋਟਾ ਇੱਥੇ ਗਰੀਬ ਜਨਤਾ ਨੂੰ ਸਹੂਲਤ ਮਿਲਦੀ ਸੀ ਉਹ ਵੀ ਗਈ। ਜੇ ਹੁਣ ਇਹ ਲੋਕ ਦੁਨੀਆ ਉੱਪਰ ਨੂੰ ਜਾ ਰਹੀ ਹੈ, ਸਾਡੇ ਪਿੰਡ ਨੂੰ ਥੱਲੇ ਨੂੰ ਲੈ ਕੇ ਜਾ ਰਿਹਾ। ਇਹ 100 ਬਿਸਤਰੇ ਦਾ ਪਾਸ ਹੋਇਆ ਵਾ ਹਸਪੀਟਲ ਆ ਜੀ, ਤੇ ਬਣ ਰਿਹਾ ਮੁਹੱਲਾ ਕਲੀਨਿਕ। 18000 ਵੋਟ ਦਾ ਇਹ ਪਿੰਡ ਆ। ਬਿਲਕੁਲ ਹੈ ਜੀ, 18000 ਵੋਟ ਪਿੰਡ ਮੁਹੱਲਾ ਕਲੀਨਿਕ, ਤਾਂ ਫਿਰ ਪਿੰਡ ਕਿਹੜਾ ਰਹਿ ਜਾਊਗਾ? ਤੁਸੀਂ ਜਦੋਂ ਇਹਨਾਂ ਨੂੰ ਜਿਤਾਇਆ ਇਹ ਕਹਿੰਦੇ ਸੀ ਕਿ ਅਸੀਂ ਇੱਥੇ ਬੈਠੇ ਰਿਹਾ ਕਰਾਂਗੇ, ਸੈਣੇ ਦੇ ਵਿੱਚੋਂ ਜਾਇਆ ਨਹੀਂ ਕਰਨਾ, ਲੋਕ ਆਖਣਗੇ ਕਿ ਇੱਥੋਂ ਤੁਰ ਜਾਓ। ਬਾਈ ਜੀ ਸਾਥੋਂ ਗਲਤੀ ਇੱਕ ਬਹੁਤ ਬੜੀ ਇਹ ਹੋ ਚੁੱਕੀ ਆ, ਜਿਹਦਾ ਅਸੀਂ ਅੱਜ ਖਮਿਆਜਾ ਭੁਗਤ ਰਹੇ ਹਾਂ ਕਿ ਅਸੀਂ ਵਿਰੋਧੀ ਧਿਰ ਹੀ ਨਹੀਂ ਰੱਖੀ। ਅਸੀਂ 92 ਦੀਆਂ 92 ਸੀਟਾਂ ਇਹਨਾਂ ਨੂੰ ਦੇ ਬੈਠੇ, ਜਦ ਕਿ ਵਿਰੋਧੀ ਧਿਰ ਹੁੰਦੀ ਤਾਂ ਅੱਜ ਇਹ ਇਹਨਾਂ ਗੱਲਾਂ ਤੇ ਨਾ ਉਤਰਦੇ, ਕਿਉਂਕਿ ਹੁਣ ਕੋਈ ਬੋਲਣ ਵਾਲਾ ਹੈ ਹੀ ਨਹੀਂ। ਇਹ ਮਨਾਹੀਆਂ ਕਰ ਰਹੇ ਆ, ਜਿੱਦਾਂ ਇਹਨਾਂ ਦੇ ਦਿਲ ਕਰਦਾ ਉਦਾਂ ਹੀ ਇਹ ਕਰਦੇ ਆ। ਬਿਲਕੁਲ ਬਈ, ਕੀ ਲੱਗਦਾ ਇਹੀ ਸੀ ਦਿੱਲੀ ਮਾਡਲ ਜਿਹੜਾ ਪਿੰਡ ਦੇ ਸਰਪੰਚ ਨੂੰ ਕਿਹਾ ਗਿਆ ਕਿ ਅਸੀਂ ਥੱਪੜ ਮਾਰ ਦਿਆਂਗੇ? ਇਹ ਬਹੁਤ ਗਲਤ ਆ, ਮੰਦਭਾਗੀ ਇਹਨਾਂ ਦੀ ਉਹ ਆ ਜਿਹੜੀ ਬੋਲਿਆ, ਬਹੁਤ ਗਲਤ ਬੋਲਿਆ। ਇਹ ਸਾਰੇ ਪਿੰਡ ਦੇ ਮੂੰਹ ਤੇ ਚਪੇੜ ਮਾਰਨ ਵਾਲਾ ਕੰਮ ਕੀਤਾ ਇਹਨਾਂ ਨੇ, ਤੇ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਕੀਤਾ ਸੀਗਾ, ਵੋਟਾਂ ਪਾਈਆਂ ਸੀਗੀਆਂ। ਤੇ ਜਿਹੜਾ ਦਿੱਲੀ ਮਾਡਲ ਤਾਂ ਬਹੁਤ ਦੂਰ ਦੀ ਗੱਲ ਆ। ਇਹਨੂੰ ਨੇ ਪੰਜਾਬ ਦਾ ਮਾਡਲ ਵੀ ਨਹੀਂ ਰਹਿਣ ਦਿੱਤਾ। ਇਹ ਜਿਹੜਾ ਪਹਿਲਾਂ ਸਰਕਾਰਾਂ ਨੇ ਜਿਵੇਂ ਬਣਿਆ ਆ ਰਿਹਾ ਸੀਗਾ, ਬਹੁਤ ਸਾਲਾਂ ਤੋਂ ਸਾਡੇ ਸਰਕਾਰੀ ਹਸਪਤਾਲ ਬਣਿਆ ਹੋਇਆ ਸੀਗਾ, ਉਹਨੂੰ ਮੁਹੱਲਾ ਕਲੀਨਿਕ ਦੇ ਵਿੱਚ ਬਦਲ ਦਿੱਤਾ ਗਿਆ। ਇਹ ਹਾਂਜੀ ਅਸੀਂ ਤਾਂ ਇਹਨੂੰ ਚਾਹੁੰਦੇ ਨਹੀਂ ਵੀ ਸਾਡੇ ਬਣੇ, ਸਾਨੂੰ ਲੋੜ ਨਹੀਂ, ਸਾਡੇ ਹਸਪਤਾਲ ਹੈਗਾ,
ਬਿਲਕੁਲ। ਤਾਂ ਪਿੰਡ ਦੇ ਲੋਕ ਹੀ ਨਹੀਂ ਚਾਹੁੰਦੇ ਕਿ ਸਾਡੇ ਮੁਹੱਲਾ ਕਲੀਨਿਕ ਬਣੇ, ਤਾਂ ਫਿਰ ਕੀ ਇਹ ਥੋਪਿਆ ਜਾ ਰਿਹਾ ਮੁਹੱਲਾ ਕਲੀਨਿਕ ਇਹਨਾਂ ਪਿੰਡ ਵਾਸੀਆਂ ਦੇ ਉੱਪਰ? ਤਾਂ ਇਹ ਵੀ ਇੱਕ ਗੱਲਬਾਤ ਕਰਾਂਗੇ। ਜਿਹੜੇ ਮੁਹੱਲਾ ਕਲੀਨਿਕਾਂ ਦਾ ਰੌਲਾ ਪਾਇਆ ਜਾ ਰਿਹਾ, ਅਸੀਂ ਇਕੱਲੇ ਪਿੰਡ ਦੇ ਵਿੱਚ ਜਾਵਾਂਗੇ। ਜਿਹੜੇ ਪਿੰਡਾਂ ਦੇ ਵਿੱਚ ਪਹਿਲਾਂ ਡਿਸਪੈਂਸਰੀਆਂ ਬਣੀਆਂ ਹੋਈਆਂ ਜਾਂ ਜਿਹੜੇ ਪਿੰਡਾਂ ਦੇ ਵਿੱਚ ਪਹਿਲਾਂ ਸੇਵਾ ਕੇਂਦਰ ਬਣੇ ਹੋਏ ਨੇ, ਉਹਨਾਂ ਸੇਵਾ ਕੇਂਦਰਾਂ ਦੇ ਉੱਪਰ ਕਈ ਥਾਵਾਂ ਤੇ ਰੰਗ ਮਾਰਦੇ ਹੋਏ ਅਸੀਂ ਤੁਹਾਨੂੰ ਪਹਿਲਾਂ ਵੀ ਤਸਵੀਰਾਂ ਦਿਖਾ ਦਿੱਤੀਆਂ ਨੇ। ਡਿਸਪੈਂਸਰੀਆਂ ਦੇ ਉੱਪਰ ਵੱਡੇ ਵੱਡੇ ਪੋਸਟਰ ਲਗਾਉਂਦੇ ਅਸੀਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਹਾਂ। ਤਾਂ ਇੱਥੇ ਲੋਕ ਨੇ ਜਿਹੜੇ ਉਹ ਸਾਡੇ ਨਾਲ ਜੁੜੇ ਹੋਏ ਨੇ। ਆਹੀ ਪਿੰਡ ਆ ਬਈ? ਹਾਂ ਜੀ, ਸਣੀ ਕੱਲ ਸਰਪੰਚ ਦੇ ਨਾਲ ਜਿਹੜੀ ਕਿ ਵਧੀਕੀ ਹੋਈ ਆ, ਆਪਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੈਗਾ। ਐਡਾ ਰੌਲਾ ਪੈ ਗਿਆ, ਪੂਰਾ ਪੰਜਾਬ ਚੱਲ ਗਿਆ ਵਾ ਜੀ, ਲਾਮ ਗਿਆ ਜੀ ਕੱਲ ਮੈਂ ਜੀ। ਅੱਜ ਫਿਰ ਕਿਹਦੇ ਹੱਕ ਚ ਆਏ ਹੋ ਇੱਥੇ? ਤੁਹਾਨੂੰ ਪਤਾ ਬਾਈ ਵਾਂਗੂ ਕਿਤੇ ਇਹ ਨਾ ਹੋਵੇ ਵੀ ਪਤਾ ਹੀ ਨਹੀਂ ਹੈਗਾ? ਪਤਾ ਹੈਗਾ। ਹਸਪੀਟਲ ਸਾਡੇ 2 ਆ, ਇੱਕ ਹੈਗਾ ਗਾ ਉਧਰ ਆਪਣਾ ਨਹਿਰ ਵਾਲੇ ਉਹ ਪੁਲ ਤੇ ਇੱਧਰ ਅੱਡੇ ਦੇ ਉੱਤੇ ਆ, ਇੱਕ ਇੱਧਰ ਹੈਗਾ। ਤੇ ਜਾਣੇ ਦੀ ਮੁਹੱਲਾ ਕਲੀਨਿਕ ਸਰਪੰਚ ਸਾਹਿਬ ਕਹਿੰਦੇ ਸੀ ਵੀ ਇੱਥੇ ਬਣਾ ਲਓ, ਵੀ ਉੱਥੇ ਸਾਨੂੰ ਵੱਡਾ ਡਾਕਟਰ ਦੇ ਦਿਓ, ਵੀ ਜਾਣੇ ਦੀ 28 ਬਿਸਤਰਿਆਂ ਦਾ ਹਸਪੀਟਲ ਬਣਾਓ। ਮੁਹੱਲਾ ਕਲੀਨਿਕ ਬਣਾਉਣੀ ਇੱਥੇ ਬਣਾਓ, ਨਹੀਂ ਪਿੰਡਾਂ ਦੇ ਵਿੱਚ ਬਣਾਓ। ਜਿਵੇਂ ਇਹਦਾ ਪਿੰਡ ਆ ਛੋਟਾ ਜਿਹਾ, ਛੋਟੇ ਪਿੰਡ ਆ, 20,000 ਦੇ ਲਗਭਗ ਵੋਟ ਆ ਇੱਥੇ, ਤੇ ਵੀ ਸਾਨੂੰ ਵੱਡਾ ਡਾਕਟਰ ਚਾਹੀਏ। ਇਹਨਾਂ ਨੇ ਮੁਹੱਲਾ ਕਲੀਨਿਕ ਬਣਾਉਣੀ ਸੀ ਤਾਂ ਇੱਥੇ ਬਣਾ ਲੈਂਦੇ। ਸਰਪੰਚ ਨੂੰ ਬਹੁਤ ਗਲਤ ਬੋਲਿਆ ਇਹ ਬਹੁਤ ਮਾੜੀ ਗੱਲ ਆ ਉਹਦੀ। ਬਿਲਕੁਲ। ਤਾਂ ਇਹ ਵੀ ਇੱਥੇ ਦੱਸਿਆ ਜਾ ਰਿਹਾ ਕਿ ਕੱਲ ਪਿੰਡ ਦੇ ਬੰਦਿਆਂ ਨੂੰ ਫੋਰਸ ਲਗਾਈ ਗਈ ਹੈਗੀ, ਇੱਥੇ ਕਮਾਂਡੋ ਮੰਗਾਈ ਗਿਆ, ਅਜਿਹਾ ਕੁਝ ਹੋਇਆ ਇੱਥੇ? ਬਾਈ ਜੀ, ਇਹ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਇੱਕ ਐਮਐਲਏ ਆਵੇ ਉਦਘਾਟਨ ਕਰਨ ਵਾਸਤੇ ਔਰ ਬਾਹਰ ਧਰਨਾ ਲੱਗਿਆ ਹੋਇਆ, ਔਰ ਉਹਨਾਂ ਬੰਦਿਆਂ ਨੇ ਜਦੋਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਰੋਕਿਆ ਗਿਆ, ਗੇਟ ਲਾ ਦਿੱਤਾ ਗਿਆ। ਤੇ ਫਿਰ ਉਹਦਾ ਉਦਘਾਟਨ ਕਰਨ ਦਾ ਕਿਹਨੂੰ ਦਿਖਾਉਣ ਆਇਆ ਸੀ ਉਦਘਾਟਨ ਕਰਕੇ? ਉਹ ਇਕੱਲਾ ਹੀ ਕਰਕੇ ਗਿਆ ਔਰ ਆਪਦੇ ਪ੍ਰਸ਼ਾਸਨ ਦੇ ਜ਼ੋਰ ਨਾਲ ਕਰਕੇ ਗਿਆ। ਜੇ ਆਪਾਂ ਕਹਿ ਦਈਏ ਵੀ ਉਹ ਜਨਤਾ ਦੇ ਵਿੱਚ ਆ ਕੇ ਉਦਘਾਟਨ ਕਰਕੇ ਗਿਆ, ਉਹ ਇਹਨੂੰ ਉਦਘਾਟਨ ਨਹੀਂ ਅਸੀਂ ਮੰਨਦੇ। ਜਿਹੜਾ ਪ੍ਰਸ਼ਾਸਨ ਦੀ ਤੁਸੀਂ ਗੱਲ ਕਰੀ ਆ, ਸੈਣੇ ਦੇ ਪੁਲਿਸ ਵਾਲੇ ਸੀਗੇ ਨਾਲ? ਸੈਣੇ ਦੇ ਵੀ ਸੀਗੇ, ਬਾਹਰ ਦੀ ਵੀ ਆਈ, ਬਰਨਾਲੇ ਤੋਂ ਵੀ ਸੀਗੇ ਜੀ ਪੁਲਿਸ ਵਾਲੇ, ਤਾਂ ਮੁਲਾਜ਼ਮ ਆਏ ਹੋਏ ਸੀਗੇ, ਤਹਿਸੀਲਦਾਰ ਸੀ, ਐਸਡੀਐਮ ਸੀ, ਆਪਣਾ ਸਿਵਲ ਸਰਜਨ ਸੀਗਾ ਜੀ। ਬਿਲਕੁਲ। ਤਾਂ ਅਸੀਂ ਇੱਥੇ ਸਿਕਿਉਰਿਟੀ ਵੀ ਆਈ ਹੋਈ ਆ, ਪੁਲਿਸ ਪ੍ਰਸ਼ਾਸਨ ਵੀ ਆਇਆ ਹੋਇਆ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸੈਣੇ ਦਾ ਜਿਹੜਾ ਐਸਐਚਓ ਆ ਉਹ ਵੀ ਇੱਥੇ ਆਇਆ ਹੋਇਆ ਮੌਜੂਦ ਆ, ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਾਂਗੇ, ਗੱਲਬਾਤ ਕਰਾਂਗੇ। ਇਸੇ ਤਹਿਤ ਹੀ ਅਸੀਂ ਅੱਜ ਜਿਹੜੀ ਪੂਰੀ ਜਿਹੜੀ ਤਸਵੀਰ ਆ ਇਹ ਪਿੰਡ ਦੇ ਲੋਕਾਂ ਦੀ ਦਿਖਾ ਰਹੇ ਹਾਂ। ਕੁਲਦੀਪ ਇੱਧਰਲੇ ਪਾਸੇ ਨੂੰ ਕੈਮਰਾ ਦਿਖਾ ਦੇ ਉਰੇ ਖੜ ਕੇ, ਕਿਉਂਕਿ ਸਾਰੇ ਲੋਕ ਖੜੇ ਨੇ। ਇਹ ਸਾਰੇ ਲੋਕ ਪਿੰਡ ਸੈਣੇ ਦੇ ਨੇ, ਜਿਹੜੇ ਪਿੰਡ ਦੇ ਵਿੱਚੋਂ ਜਿਤਾਇਆ ਗਿਆ ਹੋਵੇ, ਜਿਹੜੇ ਪਿੰਡ ਦੇ ਵਿੱਚੋਂ 4200 ਤੋਂ ਵੱਧ ਵੋਟ ਲਾਭ ਸਿੰਘ ਉਗੋਕੇ ਨੂੰ ਪਈ ਹੋਵੇ, ਤਾਂ ਉਸੇ ਪਿੰਡ ਦੇ ਸਰਪੰਚ ਨੂੰ ਅਜਿਹੀ ਗੱਲ ਕਹੀ ਗਈ ਕਿ ਅਸੀਂ ਤੇਰੇ ਥੱਪੜ ਮਾਰਾਂਗੇ, ਅਸੀਂ ਤੈਨੂੰ ਅੰਦਰ ਸੁੱਟ ਦਿਆਂਗੇ। ਅਜਿਹੀਆਂ ਗੱਲਾਂ ਕਹੀਆਂ ਗਈਆਂ। ਬਾਬਾ ਕੱਲ ਬਹੁਤ ਵਧੀਕੀ ਹੋਈ ਆ ਪਿੰਡ ਨਾਲ, ਪਤਾ ਨਹੀਂ ਤੁਹਾਨੂੰ? ਖੇਤ ਕਿਹੜਾ ਇੰਗਲੈਂਡ 'ਚ ਹੋਣਾ, ਇੱਥੇ ਹੀ ਖੇਤ ਆ ਪਿੰਡ ਦੇ ਵਿੱਚ। ਪਤਾ ਤਾਂ ਹੋਊ ਮਾੜਾ ਮੋਟਾ ਵੀ ਕੀ ਗੱਲਬਾਤ ਹੋਈ ਆ, ਪਤਾ ਨਹੀਂ ਬਈ ਤੁਹਾਨੂੰ ਪਤਾ ਕੁਛ? ਹਾਂਜੀ, ਬਹੁਤ ਮੰਦਭਾਗੀ ਗੱਲ ਹੈ ਜੀ ਇਹ, ਜਿਹੜੀ ਸਰਪੰਚ ਨੂੰ ਥੱਪੜ ਮਾਰਨ ਵਾਲੀ ਗੱਲ ਕਹੀ ਗਈ ਉਹਨਾਂ ਦੇ ਵਾਸਤੇ, ਤੇ ਗਲਤ ਆ ਜੀ ਪਿੰਡ ਲਾਭ ਸਿੰਘ ਉਗੋਕੇ ਵਾਸਤੇ ਜੀ। ਤੇ ਉਹ ਹਸਪੀਟਲ ਤਾਂ ਮਸਾ ਹਸਪੀਟਲ ਮਿਲਿਆ ਹੋਇਆ ਜੀ, ਉਸ ਨੂੰ ਕਿੱਥੇ ਅਪਗ੍ਰੇਡ ਕਰਕੇ ਵੱਡਾ ਕਰਨਾ ਚਾਹੀਦਾ ਸੀਗਾ ਜੀ, ਉਹਨੂੰ ਨੀਚੇ ਲੈ ਕੇ ਆ ਰਿਹਾ, ਥੱਲੇ ਆ ਗਿਆ। ਉੱਥੇ ਇਹ ਵੀ ਕਿਹਾ ਗਿਆ ਵੀ ਉਹਨਾਂ ਨੂੰ ਜਗ੍ਹਾ ਪਾਸੇ ਤੇ ਜਗ੍ਹਾ ਦੇ ਦਿੰਦੇ ਹੈਗੇ, ਵੀ ਕਿਤੇ ਵੀ ਬਣਾ ਲਓ ਪਾਸੇ ਤੇ ਜਗ੍ਹਾ, ਜੇ ਨਹੀਂ ਤੁਹਾਡੇ ਕੋਲ ਇਹ ਜਗ੍ਹਾ ਪਈ ਬਿਲਡਿੰਗ ਵੀ ਦੇ ਦਿੰਦੇ ਹੈਗੇ। ਇਸ ਕਰਕੇ ਉਹਨੂੰ ਤੇ ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਪਹਿਲਾਂ ਕਿਹਾ ਜੀ ਵੀ 17 ਬਿਸਤਰੇ ਦਾ ਹਸਪਤਾਲ ਦੇਵਾਂਗੇ, ਤੇ ਇਸ ਗੱਲ ਤੇ ਉਹ ਗਰਮ ਹੋ ਗਿਆ ਵੀ ਉਦੋਂ ਥੱਪੜ ਮਾਰ ਕੇ ਉਹਨੂੰ ਅੰਦਰ ਛੱਡ ਦਿਆਂਗੇ, ਤੇ ਬਹੁਤ ਗਲਤ ਗੱਲ ਹੈ ਜੀ। ਬਿਲਕੁਲ। ਤਾਂ ਹਰ ਕੋਈ ਇਹੀ ਕਹਿ ਰਿਹਾ ਕਿ ਬਹੁਤ ਗਲਤ ਗੱਲ ਹੈ। ਇੱਥੇ ਅਸੀਂ ਨੌਜਵਾਨਾਂ ਦੇ ਨਾਲ ਵੀ ਗੱਲ ਕਰਾਂਗੇ, ਇੱਥੇ ਬਜ਼ੁਰਗਾਂ ਦੇ ਨਾਲ ਜਿੱਥੇ ਅਸੀਂ ਗੱਲ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ ਪੰਚਾਇਤ ਘਰ ਦੀ, ਜਿਹੜੇ ਪੰਚਾਇਤ ਘਰ ਦੇ ਉੱਪਰ ਜਦੋਂ ਅਸੀਂ ਸੁਖਵਿੰਦਰ ਸਿੰਘ ਕਲਕੱਤੇ ਦੇ ਨਾਲ ਗੱਲ ਕਰੀ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਪਿੰਡ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਇਸ ਪੰਚਾਇਤ ਘਰ ਦੇ ਉੱਪਰ ਲਗਾਏ ਨੇ। ਸਰਕਾਰ ਦੇ ਵੱਲੋਂ ਜੋ ਫੰਡ ਆਇਆ ਸੀ ਪਹਿਲੀਆਂ ਸਰਕਾਰਾਂ ਦੇ ਵੱਲੋਂ, ਉਹ ਫੰਡ ਵੱਖਰਾ ਸੀ, ਪਰ ਅਸੀਂ ਪਿੰਡ ਦੇ ਵਿੱਚੋਂ ਵੀ ਪੈਸੇ ਇਕੱਠੇ ਕਰਕੇ ਇਸ ਨੂੰ ਇੱਕ ਪੰਚਾਇਤ ਘਰ ਦਾ ਰੂਪ ਦਿੱਤਾ। ਬਾਈ ਨੌਜਵਾਨ ਨੂੰ ਕੱਲ ਜਿਹੜੀ ਘਟਨਾ ਵਾਪਰੀ ਤੁਹਾਡੇ ਪਿੰਡ ਦੇ ਵਿੱਚ, ਉਸ ਬਾਰੇ ਜਾਣੂ? ਹਾਂਜੀ, ਜਾਣੂ। ਕੀ ਲੱਗਦਾਗਾ ਪਿੰਡ ਦੇ ਲੋਕਾਂ ਨੇ ਇੰਨਾ ਮਾਣ ਸਨਮਾਨ ਦਿੱਤਾ ਤੇ ਉਹਨਾਂ ਨੇ ਤੁਹਾਨੂੰ ਮਾਣ ਸਨਮਾਨ ਦਾ ਜਵਾਬ ਦਿੱਤਾ ਐਮਐਲਏ ਨੇ? ਨਹੀਂ ਜੀ, ਅਸੀਂ ਮਤਾ ਹੀ ਪਤਾ ਸੀ ਕਾਰਵਾਈ 'ਚ ਵੀ ਅਸੀਂ ਜਗ੍ਹਾ ਦੇਣ ਨੂੰ ਇੱਥੇ ਵੀ ਤਿਆਰ ਸੀਗੇ ਜੀ, ਤੇ ਉਹਨਾਂ ਨੇ ਕੱਲ ਜੋ ਕੀਤਾ ਜੀ ਮਾੜਾ ਕੀਤਾ ਜੀ। ਉਹ ਸਰਪੰਚ ਸਾਹਿਬ ਅੰਦਰ ਬੈਠੇ ਨੇ, ਸਰਪੰਚ ਸਾਹਿਬ ਦੇ ਨਾਲ ਸਾਡੀ ਗੱਲਬਾਤ ਹੋਈ ਸੀ। ਸਰਪੰਚ ਸਾਹਿਬ ਨੂੰ ਕਾਫੀ ਜਿਹੜਾ ਕਿ ਭਾਵੁਕ ਵੀ ਹੋਏ ਨੇ ਰਾਤ ਸਾਡੇ ਕੋਲ ਬੈਠੇ। ਮੈਂ ਜੀ ਪੰਚਾਇਤ ਮੈਂਬਰ ਆ, ਮੈਂ ਵੀ ਪੰਚਾਇਤ 'ਚ ਹੀ ਹਾਂ ਜੀ, ਜ਼ਿਆਦਾ ਬੋਲਿਆ ਨਹੀਂ ਜੀ, ਬਾਕੀ ਇੱਧਰ ਵਿਊ ਲੈ ਲਓ ਜੀ ਇਹਨਾਂ ਦੇ। ਬਿਲਕੁਲ। ਤਾਂ ਇਹ ਜਿਹੜੀ ਅਸੀਂ ਮੁਲਾਕਾਤ ਇੱਥੇ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਇੱਥੇ ਹਰ ਇੱਕ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਬਾਬਾ ਕੱਲ ਜਿਹੜਾ ਕੁਝ ਵਾਪਰਿਆ ਇੱਥੇ, ਕੱਲ ਤੁਸੀਂ ਮੌਜੂਦ ਸੀ ਇੱਥੇ, ਹੈਗੇ ਸੀਗੇ?
ਅਸੀਂ ਲੇਟ ਗਏ ਆ ਜੀ ਬਾਵਾ। ਹਾਂ ਉਹ ਤਾਂ ਜਾਂਦਿਆਂ ਨੂੰ ਕੰਮ ਚੱਲੀ ਜਾਂਦਾ ਸੀਗਾ। ਉਹ ਕਹਿੰਦੇ ਵੀ ਅਸੀਂ ਉਹ ਛੋਟਾ ਕਰਨਾ ਹੈ। ਅਸੀਂ ਕਹਿੰਦੇ ਸੀ ਵੀ ਇਹਦਾ ਕੰਮ ਤੁਹਾਡਾ ਠੀਕ ਨਹੀਂ ਆ, ਤੁਸੀਂ ਇਹਨੂੰ ਇਹ ਤੋਂ ਵੱਡਾ ਬਣਾਓ। ਭਗਵੰਤ ਮਾਨ ਇੱਥੇ ਵਾਅਦਾ ਵੀ ਕਰਕੇ ਗਿਆ ਸੀ, ਕਹਿੰਦਾ ਮੈਂ 25 ਬਿਹਤਰਾਂ ਦਾ ਹਸਪਤਾਲ ਬਣਾਊਂ। ਇਹ ਵੀ ਸਟੇਜ ਤੇ ਬੋਲ ਕੇ ਗਿਆ ਸੀ। ਜੋ ਕੱਲ ਸਰਪੰਚ ਨੇ ਕਿਹਾ, ਕਹਿੰਦਾ ਇਹ ਕੀ ਕਰ ਰਹੇ ਹੋ, ਉਹ ਸਰਪੰਚ ਨੂੰ ਪੁੱਠਾ ਬੋਲਿਆ, ਕਹਿੰਦਾ ਤੇਰੇ ਮਾਰ ਕੇ ਲਫੇੜੇ ਤੈਨੂੰ ਅੰਦਰ ਛੱਡਿਆ ਹੋਵੇ, ਤੈਨੂੰ ਫੇਰ ਪਤਾ ਲੱਗੇ। ਜਾਣੇ ਸਾਨੂੰ ਪਿੰਡ ਨੂੰ ਵਿਆਹ ਵਰਗਾ ਲੱਗਿਆ ਵੀ ਸਾਡੇ ਪਿੰਡ 'ਚ ਇਹੋ ਜਿਹਾ ਬੰਦਾ ਆਉਣਾ ਨਹੀਂ ਚਾਹੀਦਾ ਮੁੜ ਕੇ। ਬਾਈ ਇੰਨੀ ਗੱਲ ਹੀ ਸੁਣੀ ਆ ਜੀ। ਉਹ ਤਾਂ ਕਹਿੰਦੇ ਰਹਿੰਦੇ ਸੀਗੇ ਵੋਟਾਂ ਤੋਂ ਪਹਿਲਾਂ ਕਿ ਸਰਕਾਰ ਆ ਜਿਹੜੀ ਆ ਸੱਥਾਂ 'ਚੋਂ ਚੱਲਿਆ ਕਰੂਗੀ, ਆ ਲੋਕਾਂ ਨਾਲ ਅਸੀਂ ਗੱਲ ਆ ਕੇ ਕਰਿਆ ਕਰਾਂਗੇ, ਸਲਾਹ ਮਸ਼ਵਰੇ ਕਰਿਆ ਕਰਾਂਗੇ। ਤੁਹਾਡੇ ਨਾਲ ਕਰੀਏ ਗੱਲ ਸਲਾਹ? ਕੋਈ ਸਲਾਹ ਕਿਹਨੇ ਕਰਨੀ ਸੀਗੀ ਜੀ, ਸਾਡੇ ਤਾਂ ਹਸਮਾਂ ਪੈਰਾਂ ਨੂੰ ਪਾਉਂਦੇ ਆ। ਵੱਡਿਆਂ ਤੋਂ ਚੀਜ਼ਾਂ ਛੋਟੀਆਂ ਬਣਾਉਂਦੇ। ਅਸੀਂ 25 ਬਿਹਤਰਾਂ ਦੇ ਹਸਪਤਾਲ ਦੀ ਬਿੱਡ ਕਰਦੇ ਆ, ਉਹਨਾਂ ਨੇ ਉਹ ਵੀ ਚੱਕਣ ਦੀ ਕੋਸ਼ਿਸ਼ ਕਰਦੇ। ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਤੁਹਾਡੇ ਧੀਆਂ ਪੁੱਤਾਂ ਆਮ ਲੋਕਾਂ ਨਾਲ ਚੱਲਾਂਗੇ, 24 ਘੰਟੇ ਤੁਹਾਡੇ ਨਾਲ ਰਹਾਂਗੇ। ਨਾਲ ਸਾਡੇ ਕਿਹਨੇ ਰਹਿਣਾਗਾ? ਸਰਕਾਰ ਤਾਂ ਕੋਈ ਵੀ ਨਹੀਂ। ਇਹ ਤਾਂ ਮੌਕੇ ਤੇ ਛੱਡ ਕੱਢੀ ਸਾਧ ਵੇਚ ਤੇਰੇ ਮਗਰ ਤੂੰ ਕੌਣ ਮੈਂ ਕੌਣ। ਵੋਟਾਂ ਦਾ ਮਸਲਾ ਸੀਗਾ, ਉਹ ਐਂ ਕਹਿ ਕੇ ਲੈ ਲਈਆਂ। ਕੋਈ ਉਹਨਾਂ ਨੂੰ ਕੋਈ ਚੰਗਾ ਆਇਆ ਨਹੀਂ ਪ੍ਰੋਜੈਕਟ ਕਿਸੇ ਹਿਸਾਬ ਦਾ ਵੀ ਆਹ ਚੰਗਾ ਆਇਆ ਹੋਵੇ। ਉਹ ਕਹਿੰਦੇ ਸੀਗੇ ਅਸੀਂ 5 ਸਾਲਾਂ ਬਾਅਦ ਵੋਟ ਨਹੀਂ ਮੰਗਣਾ ਆਵਾਂਗੇ ਜੇਕਰ ਸਾਡਾ ਕੋਈ ਗਲਤ ਕੰਮ ਹੋਇਆ। ਹੁਣ ਆਉਣਗੇ ਵੋਟਾਂ ਮੰਗਣ, ਫਿਰ ਕੀ ਉਹਨਾਂ ਨੂੰ ਪੁੱਛੋਗੇ ਕੋਈ ਗੱਲ? ਅਸੀਂ ਤਾਂ ਪਿੰਡ 'ਚ ਵੀ ਨਹੀਂ ਵੜਨ ਦਿੰਦੇ ਜੀ। ਉਹ ਜਿਹੇ ਬੰਦੇ ਨੂੰ ਵੀ ਸਾਡੇ ਪਿੰਡ 'ਚ ਖੁਸ਼ੀ ਆਵੇ, ਸਾਰਾ ਪਿੰਡ ਹੀ ਬਾਈਕਾਟ ਕਰੂਗਾ। ਵਾਢਿਓ ਲਾ ਉਹਨਾਂ ਦਾ। ਸਾਡਾ ਸਰਪੰਚ ਚੁਣਿਆ ਵਾ, ਸਾਰੇ ਪਿੰਡ ਦਾ ਚੁਣਿਆ ਵਾ। ਇਹ ਥੋੜ੍ਹਾ ਵੀ ਉਹਨੂੰ ਜਦੋਂ ਉਹਦੀ ਹੱਦ ਕਰ ਗਿਆ ਬਾਕੀ ਕੀ ਰਹਿ ਗਿਆ ਪਿੱਛੇ ਸਾਡੇ ਕੋਲੇ। ਅਸੀਂ ਨਹੀਂ ਇਹ ਚੀਜ਼ ਨੂੰ ਚੰਗਾ ਚਾਹੁੰਦੇ। ਅਸੀਂ ਗਾਹਾਂ ਨੂੰ ਇਹੋ ਜਿਹੇ ਬੰਦੇ ਨੂੰ ਮੱਥੇ ਵੀ ਨਹੀਂ ਲਾ ਕੇ ਰਾਜੀ। ਵੋਟ ਤਾਂ ਪਾਉਣੀ ਕੀ ਆ, ਪਿੰਡ ਹੀ ਨਹੀਂ ਪਾਉਂਦਾ ਸਾਡਾ ਸਾਰਾ। ਜੀ ਬਿਲਕੁਲ। ਬਾਬਾ ਜੀ ਤੁਸੀਂ ਪਤਾ ਹੋ ਤੁਹਾਨੂੰ ਘਟਨਾ ਬਾਰੇ? ਉਹ ਤਾਂ ਪਤਾ ਹੀ ਲੱਗ ਗਿਆ ਹੋਣਾ ਘਟਨਾ ਬਾਰੇ। ਫਿਰ ਕੀ ਜਿਵੇਂ ਬਾਬੇ ਨੇ ਕਿਹਾ ਸੀ ਤਾਂ ਪਿੰਡ ਦੇ ਵਿੱਚ ਨਹੀਂ ਵੜਨ ਦਿੰਦੇ ਤੁਸੀਂ, ਫਿਰ ਇਹ ਸਾਰਾ ਪਾਸੇ ਇੱਕੋ ਹੀ ਕਾਨੂੰਨ ਹੁਣ ਲਾਗੂ ਹੁੰਦਾ ਜੀ। ਹਾਂਜੀ, ਕੋਈ ਵੀ ਨਹੀਂ ਬੰਦਾ ਚਾਹੁੰਦਾ ਹੁੰਦਾ ਮਾੜੇ ਬੰਦੇ ਨੂੰ, ਕੋਈ ਵੀ ਨਹੀਂ ਚਾਹੁੰਦਾ ਹੁੰਦਾ। ਹਮੇਸ਼ਾ ਚੰਗੇ ਬੰਦੇ ਦੀ ਜਿੱਤ ਹੁੰਦੀ ਹੈਗੀ, ਉਸ ਨੂੰ ਚਾਹੁੰਦਾ ਅਗਲਾ। ਬਿਲਕੁਲ। ਹਾਂਜੀ, ਅਫਸੋਸ ਹੁੰਦਾ ਕਿ ਇੱਥੇ ਸਤਨਾਮ ਰਾਹੀ ਖੜੇ ਹੋਏ ਸੀ, ਚਰਨਜੀਤ ਚੰਨੀ ਖੜੇ ਹੋਏ ਸੀ, ਵੀ ਉਹਨਾਂ ਨੂੰ ਵੋਟ ਪਾ ਦਿੰਦੇ ਤੂੰ ਤਾਂ। ਇਹ ਤਾਂ ਮਗਰ ਤਾਂ ਪਛਤਾਉਂਦਾ ਹੀ ਆ ਜੀ ਅਗਲਾ। ਪਹਿਲਾਂ ਉਦੋਂ ਦੇਖਦਾ ਵੀ ਬਲਦਾ ਲਿਆਉਣਾ ਵੀ ਗਾਵਨੀ ਕਿੰਨੇ ਕੁ ਚੰਗੇ ਹੋਣਗੇ, ਪਰ ਐਂ ਨਹੀਂ ਪਤਾ ਸੀ ਵੀ ਉਦੋਂ ਵੀ ਛੰਦ ਨਿਕਲਿਆ। ਇਹ ਤਾਂ ਹੁਣ ਦਿੰਦਾ ਹੀ ਆ ਸਾਨੂੰ ਵੀ ਉਦੋਂ ਵੀ ਚੰਦ ਟੱਕਰੇ ਆ। ਉਹਨਾਂ ਨੂੰ ਕੋਈ ਜਾਣੇ ਚੰਗਾ ਨਹੀਂ ਕੰਮ ਹੋਇਆ ਇਹਨਾਂ ਤੋਂ ਅਜੇ ਤੱਕ। ਗਾਹਾਂ ਦੇਖੋ ਕੀ ਕਰਦੇ ਆ ਕੀ ਨਹੀਂ ਕਰਦੇ। ਆ ਗਿਆ ਬਦਲਾਅ ਫਿਰ? ਕੱਲ ਕਹਿੰਦੇ ਤੁਹਾਡੇ ਪਿੰਡ ਦੇ ਵਿੱਚ ਕਾਫੀ ਬਦਲਾਅ ਆ ਗਿਆ। ਤਾਂ ਪੂਰੇ ਦਰਜੇ ਦਾ ਹੀ ਆ ਗਿਆ ਜੀ, ਇਹ 'ਚ ਕੋਈ ਸ਼ੱਕ ਨਹੀਂ ਰਹੀ। ਉਹਨੂੰ ਪੁਲਿਸ ਲੈ ਕੇ ਨਿਕਲ ਗਈ, ਨਾਲ ਦੀ ਨਾਲ ਗੱਡੀਆਂ ਹੋਰ ਮੰਗਾ ਲਈਆਂ। ਨਹੀਂ ਤਾਂ ਉਹਨੂੰ ਸੋਧ ਦੇਵੇਂ ਕਹਿੰਦੀ ਅਸੀਂ ਸਮਾਨ ਪਾਉਂਦੇ ਜਿੰਨੇ ਜੋਗਰੇ ਸੀਗੇ, ਅਸੀਂ ਬਖਸ਼ਦੇ ਨਹੀਂ ਸੀਗੇ। ਇੱਕ ਬੰਦਾ ਕੱਲ ਤਾਂ ਸਾਨੂੰ ਹੱਥ ਬੰਨ੍ਹ ਕੇ ਵੋਟਾਂ ਮੰਗਦਾ ਮੇਰੀ ਮਦਦ ਕਰੋ, ਅਗਲੇ ਦਿਨ ਸਾਨੂੰ ਆ ਕੇ ਲਫੇੜੇ ਦਿਖਾਉਂਦਾ, ਕਹਿੰਦਾ ਤੁਹਾਨੂੰ ਜੇਲ੍ਹ 'ਚ ਸਿੱਟਿਆ ਹੋਵੇ, ਫਲਾਨਾ ਕਰਿਆ ਹੋਵੇ। ਉਹਨੂੰ ਅਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ? ਨਹੀਂ ਕਰਦੇ। ਬਿਲਕੁਲ। ਤਾਂ ਅਸੀਂ ਅੱਗੇ ਚੱਲਦੇ ਹਾਂ। ਇੱਧਰ ਕਾਫੀ ਸਾਡੇ ਨਾਲ ਜੁੜੇ ਹੋਏ ਨੇ ਬਜ਼ੁਰਗੋ। ਕਿੰਨੀ ਕੁ ਉਮਰ ਹੋ ਗਈ ਤੁਹਾਡੀ? ਅੱਜ ਇੱਥੇ ਬੈਠੇ ਹੋਗੇ, ਪਤਾ ਮਸਲੇ ਦਾ ਪੂਰੇ ਦਾ? ਨਹੀਂ ਜੀ, ਆਪਾਂ ਨੂੰ ਨਹੀਂ ਕੋਈ ਪਤਾ ਹੈ। ਅੱਜ ਇੱਥੇ ਸੱਦਿਆਗਾ ਤੁਹਾਨੂੰ, ਕਹਿੰਦੇ ਕਿ ਕੱਲ ਸਰਪੰਚ ਨੂੰ ਕਾਫੀ ਕੁਝ ਬੋਲ ਗਿਆ। ਸਰਪੰਚ ਨੂੰ ਬਹੁਤ ਕੁਝ ਬੋਲ ਗਿਆ ਜੀ। ਇਕੱਲੇ ਸਰਪੰਚ ਨੂੰ, ਸਾਰੇ ਪਿੰਡ ਨੂੰ ਬੋਲ ਗਿਆ। ਸਾਨੂੰ ਬਹੁਤ ਮਾੜਾ ਬੰਦਾ ਇਹ, ਵੀ ਅਸੀਂ ਇਹਨੂੰ ਗਾਹਾਂ ਵਾਸਤੇ ਪਿੰਡ 'ਚ ਵੜਨ ਨਹੀਂ ਦਿੰਦੇ। ਬਸ ਆਪਣੀ ਉਮਰ ਦੇ ਵਿੱਚ ਕਦੇ ਦੇਖਿਆ ਸੀ ਇਹੋ ਜਿਹਾ ਕੁਝ ਐਮਐਲਏ ਵੱਲੋਂ ਸਰਪੰਚ ਨੂੰ ਬੋਲਿਆ ਗਿਆ? ਅਸੀਂ ਇਹੋ ਜਿਹਾ ਬੰਦਾ ਅੱਜ ਤੱਕ ਦੇਖਿਆ ਹੀ ਨਹੀਂ ਸੀ। ਇਹ ਕਹਿੰਦਾ ਸੀ ਵੀ ਬਦਲਾਓ ਕਰੂੰਗਾ। ਹੁਣ ਥਾਂ ਥਾਂ ਤਾਂ ਚੋਰੀਆਂ ਹੋਈ ਜਾਂਦੀਆਂ, ਥਾਂ ਥਾਂ ਕੋਈ ਜਿੱਥੇ ਮਰਜ਼ੀ ਲੁੱਟ ਖੋਹ ਹੋਈ ਜਾਂਦੀ ਆ। ਆ ਸਾਡੇ ਭੜਾਂ ਵਾਲੇ ਰਾਹ ਦੇ ਵਿੱਚ ਕੋਈ ਨਹੀਂ ਲੰਘਣ ਦਿੰਦਾ ਹੈ। ਇਹਦੇ ਰਾਜ ਦੇ ਵਿੱਚ ਬਦਲਾਓ ਹੋਇਆ ਵਾ। ਕੁਲਚਿਆਂ ਵਾਲੇ ਤੋਂ ਵੀ ਪੈਸੇ ਖੋਹੀ ਜਾਂਦੇ ਆ। ਕੁਲਚਿਆਂ ਵਾਲੇ ਤੋਂ ਵੀ? ਹਾਂ, ਜਿਹੜਾ ਕੁਲਚਿਆਂ ਵਾਲਾ ਬੰਦਾ ਨਾ ਉਸ ਤੋਂ ਵੀ ਪੈਸੇ ਖੋਲੇ ਇਹਦੇ ਰਾਜ ਦੇ ਵਿੱਚ। ਜਿਹੜਾ ਕਹਿੰਦਾ ਸੀ ਵੀ ਬਦਲਾਓ ਹੋਊਗਾ, ਵੀ ਬਦਲਾਓ ਹੋਈ ਜਾਂਦਾ। ਹੁਣ ਇੱਥੋਂ ਘਰ ਤੱਕ ਜਾਣ ਦਾ ਕੋਈ ਪਤਾ ਨਹੀਂ ਵੀ ਜਾਣ ਦੇਊਗਾ ਕੋਈ ਕਿ ਨਾ ਜਾਣ ਦੇਊਗਾ। ਇੰਨਾ ਇਹ ਰਾਜ ਪੁੱਠਾ ਆਇਆ ਜਿੰਨਾ ਵੀ ਕਹਦੇ। ਅਸੀਂ ਇਹਨੂੰ ਗਾਹਾਂ ਵਾਸਤੇ ਪਿੰਡ 'ਚ ਨਹੀਂ ਵੜਨ ਦੇ। ਵੋਟ ਤਾਂ ਅਸੀਂ ਇਹਨੂੰ ਐਤਕੀ ਵੀ ਨਹੀਂ ਸੀ ਪਾਈ, ਅਸੀਂ ਤਾਂ ਹੋਰਾਂ ਲੋਕਾਂ ਨੇ ਪਾਈਆਂ ਜਾਣੀ ਦੀ। ਅਸੀਂ ਤਾਂ ਇਹਨੂੰ ਜ਼ਿੰਦਗੀ ਭਰ ਹੀ ਨਹੀਂ ਪਾਉਂਦੇ। ਇੰਨਾ ਰਾਜ ਇਹ ਪੁੱਠਾ ਸੀ। ਚੰਨੀ ਹੋਰੇ ਖੜੇ ਹੋਏ ਸੀ ਇੱਥੋਂ। ਚੰਨੀ ਹੋਰੇ ਹੋਏ ਸੀਗੇ। ਇਦੋਂ ਤਾਂ ਅਸੀਂ ਜੇ ਚੰਨੀ ਹੋਰਾਂ ਨੂੰ ਪਾਉਂਦੇ ਉਹ ਇਦੋਂ 100 ਗੁਣੇ ਚੰਗੇ ਸੀ। ਇਹਨਾਂ ਜਿੰਨਾ ਤਾਂ ਬੰਦਾ ਮਾੜਾ ਤਾਂ ਅਜੇ ਤੱਕ ਜੰਮੇ ਹੀ ਨਹੀਂ। ਹੋਰ ਤਾਂ ਕੀ ਹੈਗਾ? ਇਦੋਂ ਗਾਹਾਂ ਤਾਂ ਕੋਈ ਜੰਮੂਗਾ ਕੀ? ਅਸੀਂ ਤਾਂ ਬਾਹਲੇ ਵਿਰੁੱਧ ਹੋਏ ਬੈਠੇ ਹਾਂ। ਕੇਵਲਾਂ ਸਾਡੀਆਂ ਨਹੀਂ ਰਹਿੰਦੀਆਂ, ਹੋਰ ਕੁਛ ਸਾਡਾ ਨਹੀਂ ਰਹਿੰਦਾ ਹੈ। ਖੇਤਾਂ 'ਚੋਂ ਕੁੱਲ ਬੰਦੇ ਦੇ ਸਿੰਡੀਕੇਟ ਚੁਕਵਾਤੇ ਇਹਦੇ ਰਾਜ ਦੇ ਵਿੱਚ। ਕੁੱਲ ਬੰਦੇ ਨੇ ਲਿਆ ਕੇ ਘਰੀ ਆਪਦੇ ਭੋਰਾ ਘਰ ਹੈ ਉਹਨਾਂ ਦੇ ਵਿੱਚ ਲਿਆ ਕੇ ਸਿੰਡੀਕੇਟ ਲਾਈ ਬੈਠੇ ਆ। ਐਂ ਨਹੀਂ ਪਤਾ ਵੀ ਜਾਂਦਿਆਂ ਨੂੰ ਖੇਤ ਭਾਵੇਂ ਨੇ ਟੋਕੇ ਵੀ ਨਹੀਂ ਹੋਣੇ, ਜਾਂ ਪਟਾ ਵੀ ਨਹੀਂ ਹੋਣਾ, ਜਾਂ ਕੁਛ ਵੀ ਨਹੀਂ ਹੋਣਾ। ਕੋਈ ਰਾਜਾ ਬਾਬੂ ਨੂੰ ਜੇ ਕਿਤੇ ਜਾਹਾ ਉੱਥੇ ਥਾਣੇ 'ਚ ਉਹ ਕਹਿੰਦੇ ਨਾ ਤਰੋ, ਨਾ ਕਿਹਦਾ ਤਰ ਗਏ। ਅਸੀਂ ਤਾਂ ਉਦੋਂ ਪਏ ਹੁੰਦੇ। ਬਸ ਇੰਨਾ ਕੀ ਕੁਛ ਕਹਿਣ ਜਾਣਦੇ ਜੀ ਅਸੀਂ ਤਾਂ। ਪੈਸੇ ਪੂਸੇ ਤਾਂ ਨਹੀਂ ਜੇਬ 'ਚ ਰੱਖਦੇ ਤੁਸੀਂ? ਕਿਤੇ ਭੱਜਿਆ ਵੀ ਨਹੀਂ? ਅਸੀਂ ਡੱਕਾ ਨਹੀਂ ਰੱਖਦੇ ਨਾ, ਸਾਥੋਂ ਭੱਜਿਆ ਜਾਂਦਾ। ਸਾਥੋਂ ਕਰਮ ਨਹੀਂ ਤੁਰਨ ਦਿੰਦੇ ਉਹਦੀ ਖੋਲਣਗੇ। ਸਾਨੂੰ ਤਾਂ ਕਰਮ ਨਹੀਂ ਤੁਰਨ ਦਿੰਦੇ ਉਹਦੀ ਖੋਲਣਗੇ।
ਆ ਸੋਟੀ ਰੱਖੀ ਆ, ਸੋਟੀ ਸਹਾਰਾ ਨਹੀਂ ਬਣਦੀ ਫਿਰ ਉਹ? ਸੋਟੀ ਕੁਛ ਨਹੀਂ, ਉਹਦੇ ਉਹਨਾਂ ਕੋਲੇ ਦਾਹ ਹੁੰਦੇ ਆ। ਇਹ ਸੋਟੀ ਤਾਂ ਸਾਨੂੰ ਪਰ ਹੀ ਸਿੱਟਣੀ ਪੈਂਦੀ ਆ। ਇਹ ਤਾਂ ਕੱਲਾ ਮਾੜੇ ਜਿਹੇ ਤੁਰਨ ਦੀ ਖਾਤਰ ਹੀ ਆ ਬਸ। ਪੈਸਾ ਪੂਸਾ ਨਹੀਂ ਕਿਸੇ ਕੋਲੇ ਛੱਡਦੇ। ਪੈਸੇ ਵਾਲੀ ਤਾਂ ਸਰਕਾਰ ਹੀ ਖਤਮ ਹੈ। ਪੈਸੇ ਨੂੰ ਤਾਂ ਫਿਰਦੇ ਆ। ਬਸ ਇੰਨਾ ਕੁਛ ਕਹਿਣੀ ਚਾਹੁੰਦੇ ਸੀ ਇਸ ਦਾ ਜੀ। ਤਾਂ ਅਸੀਂ ਅੱਗੇ ਚੱਲਦੇ ਹਾਂ ਇੱਧਰ। ਹਾਂਜੀ, SHO ਸਾਹਿਬ ਨਾਲ ਸੀਗੇ ਕੱਲ? ਹਾਂ, ਮੂਰੇ ਖੜੇ ਰਿਹਾ। ਤਾਂ ਇੱਧਰ ਪ੍ਰਸ਼ਾਸਨ ਵੀ ਬੈਠਾ ਸੀ। ਫਿਰ ਇਹਨਾਂ ਲੋਕਾਂ ਕੋਲ ਆਉਣੇ ਆ, ਸਾਡੇ ਕੋਲ ਮੌਜੂਦ ਆ, ਅਸੀਂ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਾਂਗੇ। SHO ਸਾਹਿਬ ਤੁਸੀਂ ਕੱਲ ਨਾਲ ਸੀਗੇ ਜਿਹੜੀ ਘਟਨਾ ਵਾਪਰੀ ਆ ਇੱਥੇ ਹੋਇਆ ਜੋ ਕੁਝ ਹੋਇਆ, ਤੁਸੀਂ ਕੱਲ ਨਾਲ ਸੀਗੇ? ਹਾਂਜੀ, ਜਿਹੜਾ ਇੱਥੇ ਕੱਲ ਵਿਧਾਇਕ ਦੇ ਨਹੀਂ, ਆਪਾਂ ਵੀ ਗੱਲ ਬਹੁਤ ਬਾਹਲੀ ਜ਼ਰੂਰੀ ਆ ਗੱਲ ਜਿਹੜੀ ਆਪਾਂ ਕਰ ਰਹੇ ਹਾਂ, ਲੋਕਾਂ ਦੀ ਮਸਲਾ ਹੈਗਾ। 9763 ਅੱਛਾ, ਨੰਬਰ ਲਿਖਾ ਰਹੇ ਨੇ SHO ਸਾਹਿਬ। ਅਸੀਂ ਕੋਈ ਨਹੀਂ, ਇੱਥੇ ਖੜੇ ਆ, ਗੱਲਬਾਤ ਕਰਾਂਗੇ SHO ਸਾਹਿਬ ਦੇ ਨਾਲ। ਇੱਧਰ ਕੁਲਦੀਪ ਮਗਰਲੇ ਪਾਸੇ ਦਿਖਾ ਦੇ ਮਾੜਾ ਜਿਹਾ ਕੈਮਰਾ, ਦਿਖਾ ਦੇ। ਮਗਰਲੇ ਪਾਸੇ ਲੋਕ ਖੜੇ ਨੇ, ਲੋਕ ਨੇ ਦੱਸਿਆ ਗਾ ਕਿ SHO ਸਾਹਿਬ ਨਾਲ ਸੀਗੇ। ਤੁਸੀਂ ਵੀ ਨਾਲ ਹੋਵੋਗੇ, ਮੁਲਾਜ਼ਮ ਹੋ ਤੁਸੀਂ ਇੱਥੋਂ ਥਾਣੇ 'ਚ? ਕਿਵੇਂ ਤੁਸੀਂ ਕੱਲ ਜੋ ਇੱਥੇ ਵਾਪਰਿਆ ਉਹਦੇ ਦੇਖਿਆ ਹੋਣਾ ਤੁਸੀਂ ਸਾਰਾ ਕੁਝ, ਕੀ ਕੁਝ ਹੋਇਆ ਇੱਥੇ? ਉਹ ਤਾਂ ਰੁਕਾਵਟ ਆਉਂਦੇ ਸੀ, ਹੋਰ ਤਾਂ ਕੀ ਦੇਖਿਆ ਸਰ। ਕੌਣ ਰੁਕਾਵਟ ਪਾਉਂਦੇ ਸੀ? ਆਪਣੇ ਪਬਲਿਕ ਹੀ। ਪਬਲਿਕ ਇੱਥੇ ਇਕੱਠੀ ਹੋਈ ਆ। ਪਬਲਿਕ ਕਹਿੰਦੇ ਵੀ ਸਾਨੂੰ ਚਾਹੀਦੀ ਨਹੀਂ ਮੁਹੱਲਾ ਕਲੀਨਿਕ, ਸਾਡੇ ਤੇ ਧੱਕੇ ਨਾਲ ਥੋਪੇ ਜਾ ਰਹੇ ਨੇ। ਪਿੰਡ ਦਾ ਕੰਮ ਹੈ ਸਰ, ਇਹਨਾਂ ਵੀ ਚਾਹੀਦਾ ਜਾਂ ਨਹੀਂ ਚਾਹੀਦਾ ਸਰ। ਠੀਕ ਹੈ ਜੀ। SHO ਸਾਹਿਬ ਕਿਸੇ ਨਾਲ ਵੱਡੇ ਅਫਸਰ ਨਾਲ ਲੱਗੇ ਨੇ ਜਾਂ ਕੋਈ ਪਰਸਨਲ ਗੱਲ ਕਰ ਰਹੇ ਨੇ? ਮਾਨਸਾ ਡਿਪਟੀ ਸਾਹਿਬ ਦੇ ਨਾਲ ਗੱਲ ਚੱਲਦੀ ਹੈ ਜੀ। ਉਹਨਾਂ ਨੇ ਕਹਿੰਦੇ ਇੱਥੇ ਕੋਈ ਕੰਮ ਸੀ ਉਹਨਾਂ ਦਾ ਜ਼ਰੂਰੀ, ਉਹਨਾਂ ਨੇ ਡਿਊਟੀ ਮੇਰੀ ਲਾਈ ਸੀ ਯਾਰ, ਮੇਰਾ ਨੰਬਰ ਦਿੱਤਾ ਉਹਨਾਂ ਨੇ ਸਰ। ਬਈ ਤੁਸੀਂ ਵੀ ਨਾਲ ਸੀ ਕੱਲ? ਨਾਲ ਨਹੀਂ ਸੀਗੇ? ਥਾਣੇ 'ਚ ਸੀ ਤੁਸੀਂ? ਨਹੀਂ, ਮੈਂ ਤਾਂ ਜੀ ਬਾਹਰ ਆਊਟ ਸਟੇਸ਼ਨ ਹੀ। ਅੱਛਾ, ਆਊਟ ਸਟੇਸ਼ਨ ਸੀ। ਤਾਂ ਇੱਥੇ ਹੋਰ ਵੀ ਮੁਲਾਜ਼ਮ ਖੜੇ ਨੇ। ਬਾਈ ਤੁਸੀਂ ਤਾਂ ਨਹੀਂ ਨਾਲ? ਤੁਸੀਂ ਤਾਂ ਨਹੀਂ ਸੀ ਨਾਲ? ਸਭ ਦੱਸ ਸਕਦੇ ਸਾਡੇ। ਹਾਂਜੀ, ਨਾ ਸਾਡੇ ਤਾਂ ਡਿਊਟੀਆਂ ਲੱਗੀਆਂ ਹੋਈਆਂ ਬਾਹਰ। ਨਹੀਂ ਤੁਸੀਂ ਇੱਥੇ ਪਿੰਡ 'ਚ ਸੀ ਜਾਂ ਬਾਹਰ ਸੀ ਕਿਤੇ? ਪਾਸੇ ਬਾਹਰ ਸਾਡੀਆਂ ਡਿਊਟੀਆਂ ਲੱਗੀਆਂ, ਬਾਹਰ ਡਿਊਟੀਆਂ ਲੱਗੀਆਂ, ਨਹੀਂ ਤਾਂ ਫਿਰ ਕੇ ਜਾਣਾ ਪੈਂਦਾ। ਸਾਰੇ ਡਿਊਟੀਆਂ ਅਲੱਗ-ਅਲੱਗ। ਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ SHO ਸਾਹਿਬ ਦੇ ਨਾਲ ਅਸੀਂ ਗੱਲ ਕਰਨੀ ਚਾਹੀ, ਤਾਂ ਹੁਣ ਦੇਖਦੇ ਆਂਗੇ ਕਿ ਸਾਡੇ ਨਾਲ ਗੱਲ ਕਰਨਗੇ ਜਾਂ ਨਹੀਂ ਕਰਨਗੇ। ਤਾਂ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਮੁੱਦੇ ਦੀ ਤਹਿ ਤੱਕ ਜਾਇਆ ਜਾਵੇ, ਕਿਉਂਕਿ ਇੱਥੇ ਸਾਨੂੰ ਬਜ਼ੁਰਗਾਂ ਨੇ ਦੱਸਿਆ ਕਿ ਇੱਥੇ ਚੋਰੀਆਂ ਵੀ ਬਹੁਤ ਹੁੰਦੀਆਂ ਨੇ, ਸਾਡੀਆਂ ਕੇਬਲਾਂ ਲਾਈਆਂ ਜਾਂਦੀਆਂ ਨੇ, ਸਾਡੇ ਸਿੰਡੀਕੇਟ ਚੱਕੇ ਜਾਂਦੇ ਨੇ, ਸਾਡੇ ਜੇਬਾਂ ਦੇ ਵਿੱਚ ਅਸੀਂ ਪੈਸੇ ਰੱਖਣੋਂ ਹਟ ਗਏ ਹਾਂ ਕਿ ਸਦਰੇ ਤੋਂ ਭੱਜਾ ਨਹੀਂ ਜਾਣਾ। ਤਾਂ ਅਸੀਂ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ। SHO ਸਾਹਿਬ ਹਜੇ ਬਿਜੀ ਨੇ। ਕੁਲਦੀਪ ਉਹ ਤਸਵੀਰ ਦਿਖਾ ਦਿਓ, ਉੱਧਰ ਫੋਨ ਤੇ ਲੱਗੇ ਹੋਏ ਨੇ SHO ਸਾਹਿਬ, ਉਹ ਬਿਜੀ ਨੇ ਹਲੇ। ਤਾਂ ਅਸੀਂ ਇੱਧਰਲੇ ਪਾਸੇ ਗੱਲਬਾਤ ਕਰ ਲਈਏ ਲੋਕਾਂ ਦੇ ਨਾਲ। ਉਹਨਾਂ ਟਾਈਮ ਅੱਜ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਸਾਰਿਆਂ ਦੇ ਨਾਲ ਹੀ ਕਰਾਂਗੇ। ਗਰਾਊਂਡ ਜ਼ੀਰੋ 'ਤੇ ਰਿਪੋਰਟਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਗਰਾਊਂਡ ਜ਼ੀਰੋ ਤੋਂ ਅਸੀਂ ਮੁਲਾਕਾਤ ਆ ਜਿਹੜੀ ਲੋਕਾਂ ਦੇ ਨਾਲ ਕਰ ਰਹੇ ਹਾਂ ਕਿ ਕੀ ਵਾਪਰਿਆ। ਬਾਬਾ ਕੱਲ ਕੀ ਵਾਪਰਿਆ ਇੱਥੇ ਪਿੰਡ ਦੇ ਵਿੱਚ ਪਤਾ? ਕੱਲ ਜੀ ਸਹਿਣਾ ਪਿੰਡ ਦੇ ਅੰਦਰ ਜਿਹੜੀ ਇਹ ਮੁਹੱਲਾ ਕਲੀਨਿਕ ਦਾ ਜੋ ਉਦਘਾਟਨ ਹੋਇਆ, ਅਸੀਂ ਇੱਥੇ ਬਾਜ਼ਾਰ 'ਚ ਇਹ ਵੀਡੀਓ ਵਗੈਰਾ ਜੋ ਪੰਚਾਇਤ ਨੇ ਧਰਨਾ ਲਾਇਆ ਸੀਗਾ, ਉਸ ਤੋਂ ਬਾਅਦ ਗਏ ਅਸੀਂ ਉੱਥੇ। ਪ੍ਰਸ਼ਾਸਨ ਵੀ ਦਾ ਬੰਦੋਬਸਤ ਬਹੁਤ ਸੀਗਾ ਤੇ ਉਸ ਤੋਂ ਬਾਅਦ ਅੰਦਰ ਵੀ ਜਾ ਕੇ ਆਏ। ਅਸੀਂ ਆਖਿਆ ਵੀ ਠੀਕ ਆ, ਦੇਖੋ ਕਿਹੜੀਆਂ ਇਹਨਾਂ ਨੇ ਮਸ਼ੀਨਾਂ ਲਾਈਆਂ। ਤੇ ਇਹ MLA ਸਾਹਿਬ ਨਾਲ ਜੋ ਵੀਡੀਓ ਆਈ, ਉਹ ਵੀਡੀਓ ਤੇ ਅਸੀਂ ਦੇਖਿਆ, ਮੌਕੇ ਤੇ ਅਸੀਂ ਨਹੀਂ ਸੀਗੇ, ਪਰ ਅੰਦਰ ਕੋਈ ਸਾਨੂੰ ਮਸ਼ੀਨ ਦਿਖਾਈ ਗਈ ਨਹੀਂ। ਜੋ ਜੇ ਮੰਤਰੀ ਸਾਹਿਬ ਪਬਲਿਕ ਨੇ ਬਣਾਇਆ, ਜੋ ਉਹਨਾਂ ਨੇ ਕਿਹਾ ਵੀ ਅਸੀਂ ਥੱਪੜ ਮਾਰਾਂਗੇ, ਅਸੀਂ ਇਹਦਾ ਵਿਰੋਧ ਕਰਦੇ ਹਾਂ ਪਿੰਡ ਵੱਲੋਂ। ਜੋ ਕਿ ਇਹ ਮਾਨਵ ਅਧਿਕਾਰਾਂ ਦਾ ਹੰਨਣਾ, ਧਰਨਾ ਲਾਉਣਾ, ਹਰੇਕ ਮਨੁੱਖ ਦਾ ਆਵਾਜ਼ ਉਠਾਉਣ ਦਾ ਉਹਦਾ ਹੱਕ ਆ, ਉਹਨੂੰ ਦਬਾਇਆ ਨਾ ਜਾਵੇ। ਜੋ ਕਿ ਪਬਲਿਕ ਦੇ ਅੰਦਰ ਹਰੇਕ ਬੰਦਾ ਆਪ ਬੋਲ ਸਕੇ। ਬਾਕੀ ਪਿੰਡ ਦਾ ਇਹ ਆ ਵੀ ਵੱਡਾ ਪਿੰਡ ਆ ਸਾਡਾ, ਆਬਾਦੀ ਵਾਲਾ ਹੈ। ਜੋ ਇਹਨਾਂ ਦੀ ਮੰਗ ਸੀ ਵੀ ਇਹਨੂੰ ਵੱਡਾ ਕੀਤਾ ਜਾਵੇ, ਨਾ ਕਿ ਛੋਟਾ ਕੀਤਾ ਜਾਵੇ। ਤਾਂ ਅਸੀਂ ਅੱਗੇ ਚੱਲਦੇ ਹਾਂ। ਆਹ ਨੌਜਵਾਨ ਬੈਠੇ ਨੇ। ਬਈ ਸਰਪੰਚ ਦੀ ਸਪੋਰਟ 'ਚ ਆਏ ਹੋ? ਹਾਂਜੀ ਬਿਲਕੁਲ ਬਾਈ। ਤੇ ਕੱਲ ਜੋ ਵੀ ਵਾਪਰਿਆ ਤੁਹਾਨੂੰ ਪਤਾ ਹੀ ਆ, ਸਾਰੇ ਵਾਇਰਲ ਹੋ ਚੁੱਕਿਆ ਹੈਗਾ। ਤੇ ਆਪਾਂ ਦੇਖ ਸਕਦੇ ਹਾਂ ਵੀ ਸਰਪੰਚ ਸਾਹਿਬ ਕਿੰਨੀ ਰਿਸਪੈਕਟ ਨਾਲ ਗੱਲ ਕਰ ਰਹੇ ਨੇ ਤੇ ਉਹਦਾ ਮੋੜਵਾਂ ਜਵਾਬ ਕੀ ਮਿਲ ਰਿਹਾ ਤੁਹਾਨੂੰ ਪਤਾ ਹੀ ਆ ਵੀ 4 ਲਫੇੜੇ ਮਾਰ ਕੇ ਅੰਦਰ ਸੁੱਟ ਦਿੱਤਾ ਜਾਊਗਾ। ਇਹ ਬਹੁਤ ਸਰਾਸਰ ਗਲਤ ਆ। ਉੱਦਾਂ ਹੀ ਪਤਾ ਵੀ ਇੱਦਾਂ ਬੋਲਣਾ ਬਹੁਤ ਗਲਤ ਆ। ਤੇ ਜੇ ਮੂਹਰੋਂ ਕੋਈ ਰਿਸਪੈਕਟ ਨਾਲ ਗੱਲ ਕਰਦਾ ਉਹਦੇ ਨਾਲ ਰਿਸਪੈਕਟ ਨਾਲ ਗੱਲ ਕਰੋ। ਚਾਹੁੰਦੇ ਹੋ ਇੱਥੇ ਮੁਹੱਲਾ ਕਲੀਨਿਕ ਬਣੇ? ਨਹੀਂ ਵੀਰੇ, ਦੇਖੋ ਸਾਡੇ ਪਿੰਡ ਦੀ ਆਬਾਦੀ ਬਹੁਤ ਜ਼ਿਆਦਾ ਹੈਗੀ, ਯਾਨੀ ਕਿ 10-12 ਹਜ਼ਾਰ ਤਾਂ ਵੋਟ ਹੀ ਆ। ਤੇ ਹਾਂ ਬਣ ਜੇ, ਬਟ ਉਹ ਹਸਪਤਾਲ ਨੂੰ ਨਾ ਮਤਲਬ ਡੀਗ੍ਰੇਡ ਕੀਤਾ ਜਾਵੇ, ਉਹ ਉੱਦਾਂ ਹੀ ਚੱਲਣ ਦਿੱਤਾ ਜਾਵੇ, ਸਾਈਡ ਤੇ ਬਣ ਜੇ। ਕਿੱਥੇ ਤਾਂ ਅਪਗ੍ਰੇਡ ਕਰਨ ਦੀ ਬਜਾਏ ਉਹਨੂੰ ਛੋਟਾ ਕਰ ਰਹੇ ਆ। ਤੇ ਜਿਹੜੇ ਹੁਣ ਗਰੀਬ ਮਜ਼ਦੂਰ ਲੋਕ ਆ ਉਹ ਕਿੱਥੇ ਜਾਣਗੇ ਬਾਈ ਯਾਰ?
ਬਿਲਕੁਲ ਹਾਂਜੀ ਹਾਂ। ਤਾਂ ਅੱਗੇ ਚੱਲਦੇ ਆਂ। ਬਜ਼ੁਰਗੋ ਕਿੰਨੀ ਕੁ ਉਮਰ ਹੋ ਗਈ? ਦੇਖਿਆ ਪਹਿਲਾਂ ਇਹੋ ਜਿਹਾ ਐਮਐਲਏ ਜਿਹੜਾ ਕਹਿੰਦਾ ਸਰਪੰਚ ਨੂੰ ਵੀ ਮੈਂ ਥੱਪੜ ਮਾਰ ਦੂੰ? ਮੈਂ ਨਹੀਂ ਦੇਖਿਆ ਨਹੀਂ ਸੀਗਾ, ਜੇ ਮੈਂ ਕੋਲੇ ਹੁੰਦਾ ਫਿਰ ਦੱਸ ਦਿੰਦਾ। ਨਹੀਂ ਪਹਿਲਾਂ ਤੁਸੀਂ ਆਪਦੀ ਉਮਰ 'ਚ ਦੇਖਿਆ ਹੋਵੇ ਇਹ ਤਾਂ ਹੀ ਕੋਈ ਐਮਐਲਏ ਨਹੀਂ ਦੇਖਿਆ ਇਹ ਜਾ, ਪਰ ਮੈਂ ਕੋਲੇ ਨਹੀਂ ਸੀ ਵੀ ਕੀ ਗੱਲ ਹੋਈ ਹੈ, ਇਹ ਗੱਲ ਦਾ ਨਹੀਂ ਪਤਾ ਮੈਨੂੰ। ਤੁਸੀਂ ਦੇਖਿਆ ਬਜ਼ੁਰਗੋ ਕਿੰਨੀ ਉਮਰ ਹੋ ਗਈ ਇਹੋ ਜਿਹਾ ਐਮਐਲਏ ਪਹਿਲਾਂ ਉਹਦੀ ਉਮਰ 'ਚ ਦੇਖਿਆ ਹੋਵੇ ਜਿਹੜਾ ਕਹਿੰਦਾ ਹੋਵੇ ਵੀ ਮੈਂ ਸਰਪੰਚ ਦੀ ਥੱਪੜ ਮਾਰੂ? ਮੈਂ ਤਾਂ ਕੱਲ ਫੇਰ ਸੀਗਾ। ਨਹੀਂ ਤੁਸੀਂ ਆਪਦੀ ਉਮਰ 'ਚ ਪਹਿਲਾਂ ਦੇਖਿਆ ਹੋਵੇ, ਕੋਈ ਬਾਦਲਾਂ ਵੇਲੇ ਦੇਖਿਆ ਹੋਵੇ ਜਾਂ ਕੈਪਟਨਾਂ ਵੇਲੇ ਦੇਖਿਆ ਹੋਵੇ? ਉਮਰ ਹਾਂ 73 ਸਾਲ ਹੈ। ਇਹੋ ਜਿਹਾ ਮੈਂਬਰ ਵੀ ਨਹੀਂ ਦੇਖਿਆ ਕੋਈ। ਹਾਂਜੀ ਮੈਂਬਰ ਵੀ ਨਹੀਂ ਦੇਖਿਆ, ਐਮਐਲਏ ਤਾਂ ਕੀ ਦੇਖਣਾ ਸੀ। ਜਿਵੇਂ ਉਹ ਬੋਲਿਆ ਇੰਨੀਆਂ ਬੁੜੀਆਂ ਤੇ ਇਹੋ ਜਿਹਾ ਬੋਲਿਆ ਇਹਨੂੰ ਸਰਪੰਚ ਨੂੰ, ਹਦਕ ਨਹੀਂ ਸਾਡੇ ਪਿੰਡ ਦੀ, ਹਦਕਾ ਪਿੰਡ ਨੂੰ ਹੀ ਬੋਲ ਗਿਆ ਉਹ। ਮੈਂਬਰ ਕਹਿੰਦਾ ਸਾਡੀਆਂ ਵੋਟਾਂ ਪਾਇਆ ਦਾ ਆ ਦਿੱਤਾ ਉਹਨੇ ਫਲ। ਕਹਿੰਦੇ ਸਰਪੰਚ ਦਾ ਪਿੰਡ ਦੀ ਪੱਗ ਹੁੰਦੇ ਨੇ। ਹਾਂ ਫਿਰ ਸਾਡੀ ਤਾਂ ਪੱਗ ਉਹ ਸਿੱਟ ਗਿਆ ਪੈਰਾਂ 'ਚ ਉਹਦੇ, ਸਾਡਾ ਕੀ ਰਹਿ ਗਿਆ ਹੁਣ ਇੱਥੇ? ਕਿੱਥੇ ਭਗਵੰਤ ਮਾਨ ਕਹਿੰਦਾ ਸੀ ਮੈਂ ਬਣਾ ਦੂੰ ਐਂ ਬਣਾ ਦੂੰ, ਸਾਡਾ ਕੀ ਸੁਣ ਲੈਣ? ਆਮ ਆਦਮੀ ਦੀ ਕਹਿੰਦਾ ਸੀ ਕੀ ਸਾਡਾ ਕਰ ਗਏ ਇਹ? ਕਿੱਥੇ ਜਾਵਾਂਗੇ ਅਸੀਂ ਦਵਾਈ ਬੂਟੀ ਲੈਣ? ਹਿਸਾਬ ਲਾਓ ਤੁਸੀਂ, ਅਸੀਂ ਕਿੱਥੇ ਜਾਵਾਂਗੇ? ਐਡਾ ਪਿੰਡ ਆ ਸਾਡਾ, ਕਿੱਥੇ ਲਾਵਾਂ ਪਿੰਡਾਂ ਦੇ ਵੀ ਇੱਥੇ ਆਉਂਦੇ 12-13 ਪਿੰਡਾਂ ਦੇ। ਕਿਤੇ ਬੁਰਜ ਬਣਾਉਂਦੇ ਜਾਂ ਢਿਲਮੀ ਬਣਾਉਂਦੇ, ਮੌੜੀ ਬਣਾਉਂਦੇ, ਇੱਥੇ ਲੀਲੋ ਕੋਠੀ ਬਣਾਉਂਦੇ, ਉਹ ਕੋਠੇ ਸੀ ਉੱਥੇ ਬਣਾਉਂਦੇ। ਹਾਂ ਉਹ ਬਣੀ ਬਣਾਈ ਆਹ ਜਗ੍ਹਾ ਕਿਹੋ ਜਿਹੀ ਇੱਥੇ ਬਣਾਉਂਦੇ, ਜੋ ਸਰਪੰਚ ਕਹਿੰਦਾ ਵੀ ਤੈਨੂੰ ਅਸੀਂ ਥਾਂ ਦਿੰਦੇ, ਜਗ੍ਹਾ ਦਿੰਦੇ ਹਾਂ, ਚਾਹ ਪਾਣੀ ਵੀ ਦਿਆ ਕਰਾਂਗੇ, ਸਾਰਾ ਕੁਝ ਦੇਵਾਂਗੇ, ਵੀ ਇੱਥੇ ਬਣਾਓ ਜਿੱਥੇ ਮਰਜ਼ੀ। ਧੱਕੇ ਨਾਲ ਬਣਾ ਕੇ ਗਏ ਆ। ਧੱਕੇ ਨਾਲ ਬਣਾ ਕੇ? ਧੱਕੇ ਨਾਲ ਹੀ ਬਣਾਇਆ ਜੀ, ਹੋਰ ਕੀ ਆ? ਕਹਿੰਦੇ ਅੰਦਰ ਨਹੀਂ ਵੜਨ ਦਿੱਤਾ? ਨਾ ਕਿਸੇ ਨੂੰ ਨਹੀਂ ਬਣ ਦਿੱਤਾ। ਹੋਰ ਤੁਸੀਂ ਦੇਖਿਆ ਹੀ ਇਹ ਬੋਲਣਾ ਹੀ ਹੈਗਾ ਤੁਸੀਂ ਬਈ? ਅਸੀਂ ਇਕੱਲੇ ਬੰਦੇ ਨੂੰ ਪੁੱਛ ਰਹੇ ਹਾਂ ਤਾਂ ਕਿ ਕਿਸੇ ਦੇ ਦਿਲ ਦੇ ਵਿੱਚ ਗਿਲਾ ਨਾ ਰਹੇ ਕਿ ਸਾਡੇ ਲੀਡਰ ਨੂੰ ਮਾੜਾ ਕਹਿ ਗਏ ਜਾਂ ਸਾਡੇ ਲੀਡਰ ਦੇ ਬਾਰੇ ਦੂਜੇ ਲੋਕਾਂ ਨੂੰ ਪੁੱਛ ਗਏ। ਤੁਸੀਂ ਬੋਲਣਾ ਜੀ ਕੁਛ? ਕੀ ਲੱਗਦਾ ਕੀ ਆ ਕੱਲ ਜਿਹੜਾ ਕੁਛ ਹੋਇਆ ਇੱਥੇ ਪਿੰਡ 'ਚ? ਪਿੰਡ 'ਚ ਤਾਂ ਕੱਲ ਬਹੁਤ ਉਹ ਜਿਹੜਾ ਐਮਐਲਏ ਸੀ ਬਹੁਤ ਗਲਤ ਬੋਲ ਕੇ ਗਿਆ। ਐਡਾ ਐਮਐਲਏ ਮਾੜਾ ਸਾਨੂੰ ਅੱਜ ਤਾਈਂ ਨਹੀਂ ਮਿਲਿਆ ਹੈ। ਅੱਜ ਨਾ ਹੁਣ ਅਸੀਂ ਉਹ ਪਿੰਡ 'ਚ ਵੜਨ ਦੇਣਾਗਾ। ਸਰਪੰਚ ਨੂੰ ਸਾਡੇ ਨੂੰ ਇਹੋ ਜਿਹਾ ਸਰਪੰਚ ਆ ਬਹੁਤ ਵੱਧ ਕੇ ਬਹੁਤ ਗਲਤ ਬੋਲ ਗਿਆ। ਇਹ ਜੇ ਐਮਐਲਏ ਤੋਂ ਤਾਂ ਅਸੀਂ ਬਿਨਾਂ ਹੀ ਚੰਗੇ ਆ। ਸਾਨੂੰ ਕਹਿੰਦੇ ਵੀ 13 ਮੰਜੇ ਦਾ ਹਸਪਤਾਲ ਦੇਵਾਂਗੇ ਸਾਨੂੰ। ਹੁਣ ਜਿਹੜਾ ਸਾਡਾ ਹੈਗਾ ਜਿੰਨਾ ਕੁ ਉਹ ਵੀ ਚੱਕੀ ਜਾਂਦਾ, ਕਹਿੰਦਾ ਮੈਂ ਇਹ ਵੀ ਚੱਕ ਨੂੰ, ਉਹਦਾ ਕੀ ਦੇਣਾ ਜੀ, ਕੁਝ ਹੋਰ ਹੀ ਬਣਾਈ ਜਾਂਦਾ। ਮੈਨੂੰ ਉਹਦਾ ਪਤਾ ਲੱਗਦਾ ਵੀ ਕੀ ਬਣਾਉਂਦਾ, ਕੋਈ ਦੁਕਾਨ ਬਣਾਉਂਦਾ, ਕੀ ਬਣਾਉਂਦਾ। ਇਹਨੂੰ ਕਹਿੰਦੇ ਵੀ ਗਾਹਾਂ ਨੂੰ ਸਾਡੇ ਪਿੰਡ 'ਚ ਨਾ ਵੜੇ, ਬਸ ਅਸੀਂ ਤਾਂ ਇਹ ਤੋਂ ਬਿਨਾਂ ਹੀ ਚੰਗੇ ਆ। ਕਹਿ ਦਈਏ ਵੀ ਗਾਹਾਂ ਨੂੰ ਨਾ ਵੜੇ ਸਹਿਣੇ 'ਚ? ਕਹਿੰਦੇ ਵੀ ਸਾਡੇ ਪਿੰਡ 'ਚ ਨਾ ਵੜੇ ਐਮਐਲਏ, ਅਸੀਂ ਤਾਂ ਇਹ ਤੋਂ ਬਿਨਾਂ ਹੀ ਚੰਗੇ ਆਂਗੇ। ਬਸ ਸਾਡੇ ਸਰਪੰਚ ਨੂੰ ਬਹੁਤ ਗਲਤ ਬੋਲ ਕੇ ਗਿਆ ਹੈ। ਪਛਤਾਉਣੇ ਹੋ ਹੁਣ? ਪਛਤਾਉਣੇ ਹੋ ਵੀ ਜਾਂ ਬਾਦਲਾਂ ਨੂੰ ਹੀ ਵੋਟ ਪਾ ਕੇ ਜਿਤਾ ਦਿੰਦੇ ਜਾਂ ਚੰਨੀ ਵਰਗਿਆਂ ਨੂੰ ਜਿਤਾ ਦਿੰਦੇ? ਅਸੀਂ ਤਾਂ ਜਮਾ ਪਛਤਾਉਨੇ ਆ। ਸਾਨੂੰ ਤਾਂ ਪਤਾ ਨਹੀਂ ਸੀ ਵੀ ਅਸੀਂ ਤਾਂ ਕਿ ਵੀ ਗਰੀਬ ਘਰ ਦਾ ਪੁੱਤਾ ਚੱਲ ਬਣਾ ਦਿੰਨੇ ਆ। ਇਹਨੂੰ ਤਾਂ ਸਹੁਰੇ ਨੂੰ ਜਮਾ ਹੀ ਮੱਤ ਨਹੀਂ, ਨਾ ਸੂਹਾਂ ਨਾ ਸੱਪਾ। ਇਹਨੇ ਤਾਂ ਬਹੁਤ ਗਲਤ ਬੋਲ ਕੇ ਗਿਆ ਸਾਡੇ ਪਿੰਡ 'ਚ, ਨਜਾਇਜ਼ ਜੀ। ਇਦੋਂ ਮੁੜ ਕੇ ਮੈਂ ਤਾਂ ਦੱਸ ਵੀ ਸਾਡੇ ਪਿੰਡ 'ਚ ਨਾ ਬੜੇ, ਬਸ ਇਹ ਤੋਂ ਬਿਨਾਂ ਹੀ ਚੰਗੇ ਸੀ। ਤਾਂ ਨਾ ਸਾਨੂੰ ਇਹਦੀ ਮਦਦ ਦੀ ਲੋੜ ਆ, ਨਾ ਸਾਨੂੰ ਇਹਦੇ ਕੋਈ ਪਿਆਰ ਦੀ ਲੋੜ ਆ। ਸਾਨੂੰ ਇਹਨੂੰ ਸਾਡੇ ਪਿੰਡ 'ਚ ਬੜੇ ਹੀ ਨਾ, ਬਸ ਆਹੀ ਗੱਲ ਆ, ਹੋਰ ਗੱਲ ਕੋਈ ਨਹੀਂ ਹੈ। ਬਿਲਕੁਲ। ਤਾਂ ਇਹਨਾਂ ਨੇ ਤਾਂ ਬਾਈਕਾਟ ਹੀ ਕਰਤਾ ਜੀ, ਸਾਡੇ ਪਿੰਡ 'ਚ ਹੀ ਨਾ ਬੜੇ। ਇਧਰਲੇ ਪਾਸੇ ਕਿੰਨੀ ਉਮਰ ਹੋ ਗਈ ਬਜ਼ੁਰਗੋ ਤੁਹਾਡੀ ਕਿੰਨੀ ਉਮਰ ਹੋ ਗਈ? ਸਾਡੀ ਤਾਂ ਉਮਰ ਜੀ 85-86 ਸਾਲ ਦੀ। ਅਸੀਂ ਤਾਂ ਐਂ ਦੇਖਦੇ ਸੀ ਵੀ ਉੱਥੇ ਪੋਸਟਮਾਰਟ ਹੋਏ ਨੇ ਪਹਿਲੇ ਬੰਦੇ ਦੇ ਅੰਗਰੇਜ਼ਾਂ ਦੇ ਰਾਜ ਵੇਲੇ, ਤੇ ਹੁਣ ਉਹਨੂੰ ਚੱਕ ਰਹੇ ਨੇ। ਚੱਕਿਆ ਕਾਹਤੋਂ ਜਾਂਦਾ? ਅਸੀਂ ਤਾਂ ਕਹਿੰਦੇ ਉੱਥੇ 18-20 ਮੰਜਿਆਂ ਦਾ ਹਸਪਤਾਲ ਬਣਨ ਦਾ ਆਰਡਰ ਹੋਣਾ ਚਾਹੀਦਾ ਸਰਕਾਰ ਵੱਲੋਂ, ਬਸ। ਬਿਲਕੁਲ। ਤਾਂ ਅਸੀਂ ਇੱਥੇ ਗੱਲਾਂ ਬਾਤਾਂ ਕਰੀਆਂ ਨੇ, ਤੁਹਾਨੂੰ ਤਕਰੀਬਨ ਜਿਹੜੀ ਕਿ ਸਾਰੀ ਰਿਪੋਰਟ ਆ ਉਹ ਦਿਖਾ ਦਿੱਤੀ ਆ। ਹੁਣੇ ਆਏ ਹੋ ਬਜ਼ੁਰਗੋ ਘਰੋਂ? ਤੁਰੇ ਆਏ ਹੋ? ਹਾਂਜੀ ਤੁਰੇ ਆਏ। ਕੱਲ ਇੱਥੇ ਕਹਿੰਦੇ ਖਾਸਾ ਕੁਛ ਰੌਲਾ ਪੈ ਗਿਆ, ਕਹਿੰਦੇ ਕਾਫੀ ਕੁਛ ਵਾਪਰ ਗਿਆ। ਪਤਾ ਲੱਗਿਆ ਮੈਂ ਹੈ ਨਹੀਂ ਸੀ ਇੱਥੇ, ਬਾਹਰ ਸੀਗਾ ਮੈਂ, ਹੈ ਨਹੀਂ ਸੀ ਇੱਥੇ। ਪਹਿਲਾਂ ਦੇਖਿਆ ਉਹਦੀ ਉਮਰ ਦੇ ਵਿੱਚ ਅਜਿਹਾ ਕੁਛ ਹੁੰਦਾ? ਮੈਂ ਇਹੋ ਜਿਹਾ ਕੁਛ ਨਹੀਂ ਦੇਖਿਆ ਜੀ, ਨਹੀਂ ਦੇਖਿਆ ਜੀ। ਦੇਖਿਆ ਬਥੇਰੇ, ਚਲੋ ਸਿਆਸੀ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਆਪਦੇ ਚਾਰ ਰੱਖਦੀਆਂ ਵੀ ਚਲੋ ਚੰਗੀ ਗੱਲ ਹੈ ਜੇ ਉਹ ਪਿੰਡ ਦਾ ਕੋਈ ਕੰਮ ਹੁੰਦਾ ਸੀ। ਪਰ ਜਦੋਂ ਸਰਪੰਚ ਸਾਹਿਬ ਨੇ ਸੁਝਾਅ ਦਿੱਤੇ ਸੋ ਮੰਨ ਲੈਣਾ ਚਾਹੀਦਾ ਸੀ। ਵੀ ਗੱਲ ਸੁਣੀ ਹੈ, ਗੱਲ ਵੀ ਰੌਲਾ ਪਿਆ ਜਿਸ ਗੱਲ ਕਰਤੀ ਵੀ ਜੇ ਉਹਨਾਂ ਕੋਲ ਨਹੀਂ ਫੰਡ ਸੀ, ਬਿਲਡਿੰਗ ਸੀਗੀ ਇੱਥੇ, ਬਿਲਡਿੰਗ ਮਤਲਬ ਸਰਪੰਚ ਸਾਹਿਬ ਦੇ ਦਿੰਦੇ ਵੀ ਉੱਥੋਂ ਸਾਡੇ ਪਹਿਲਾਂ ਹੀ ਡਾਕਟਰ ਨਹੀਂ ਬਹਿੰਦਾ, ਸਾਡੇ ਪਹਿਲਾਂ ਹਸਪਤਾਲ ਬਣਿਆ ਵਾ, ਸਾਨੂੰ ਤਾਂ ਹੋਰ ਉੱਥੇ ਮਤਲਬ ਬਿਸਤਰਿਆਂ ਦਾ ਚਾਹੀਦਾ। और बार मैं सफाई सेवक सारे पिंड का भाई, मैं कहना सफाई सेवक आज दिन लेकर मैं दूजा नहीं है ਸ਼ਰਾਬ ਜੀ। ਹਾਂਜੀ, ਤਾਂ ਅਸੀਂ ਇੱਥੇ ਜਿਹੜੀ ਗੱਲਬਾਤ ਹੈ ਸਫਾਈ ਸੇਵਕ ਨੇ, ਉਹਨਾਂ ਨੇ ਵੀ ਇੱਧਰ ਐਸਐਚਓ ਸਾਹਿਬ ਲੰਘੇ ਹੈਗੇ, ਕਿੱਧਰ ਲੰਘੇ ਐਸਐਚਓ ਸਾਹਿਬ?
ਸਿਮਰਨਜੀਤ ਸਿੰਘ ਮਾਨ ਵੀ ਪਹੁੰਚ ਚੁੱਕੇ ਨੇ। ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਸਰਦਾਰ ਸਿਮਰਨਜੀਤ ਸਿੰਘ ਮਾਨ ਪਹੁੰਚੇ ਨੇ ਤਾਂ ਅਸੀਂ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਕੱਲ ਕਾਫੀ ਕੁਝ ਵਾਪਰਿਆ ਇੱਥੇ। ਸਪੋਰਟ ਦੀ ਗੱਲ ਕਰ ਰਹੇ ਨੇ। ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ MP ਜਿੱਤੇ ਹੋਏ ਨੇ ਜਿਮਨੀ ਚੋਣ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਅੱਜ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਇੱਥੇ ਤੁਹਾਨੂੰ ਅਸੀਂ ਤਸਵੀਰ ਦਿਖਾ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ। ਤਾਂ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਨਾਲ ਗੁਰਜੰਟ ਸਿੰਘ ਕੱਟੂ, ਰਣਦੀਪ ਸਿੰਘ, ਤਾਂ ਇਹ ਸਾਰੇ ਜਿਹੜੇ ਪਾਰਟੀ ਦੇ ਮੈਂਬਰ ਨੇ ਉਹ ਵੀ ਪਹੁੰਚੇ ਨੇ। ਤਾਂ ਇੱਥੇ ਅਸੀਂ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਤੁਸੀਂ ਦੇਖ ਸਕਦੇ ਹੋ, ਇੱਕ ਪਾਸੇ MLA ਗਾਲਾਂ ਕੱਢਦੇ ਨੇ ਤਾਂ ਦੂਜੇ ਪਾਸੇ MP ਮਾਨ ਸਨਮਾਨ ਦਿੰਦੇ ਨੇ। ਤਾਂ ਸਾਡੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ। ਇੱਕ ਪਾਸੇ ਫੰਡ ਦੇ ਕੇ ਜਾਂਦੇ ਨੇ ਸੈਣਾ ਪਿੰਡ ਨੂੰ, ਤਾਂ ਇੱਕ ਪਾਸੇ MLA ਗਾਲਾਂ ਕੱਢਦੇ ਦਿਖਾਈ ਦਿੰਦੇ ਨੇ। ਤਾਂ ਅਸੀਂ ਇਸ ਮਾਨ ਸਾਹਿਬ ਨੇ 5 ਲੱਖ ਦਾ ਐਲਾਨ ਕੀਤਾ ਹਸਪੀਟਲ ਨੂੰ, ਜਿਹੜੇ ਹਸਪੀਟਲ ਦੀ ਗੱਲ ਨੂੰ ਲੈ ਕੇ ਸਰਪੰਚ ਨੂੰ ਗਾਲਾਂ ਕੱਢੀਆਂ MLA ਦੇ ਵੱਲੋਂ। ਮਾਨ ਸਾਹਿਬ ਤੁਸੀਂ 5 ਲੱਖ ਦਾ ਐਲਾਨ ਕਰਦੇ ਹੋ, ਦੂਜੇ ਪਾਸੇ MLA ਗਾਲਾਂ ਕੱਢ ਰਹੇ ਨੇ। ਚਲੋ ਫਿਰ ਇਹਦਾ ਤਾਂ ਇਹ ਜਵਾਬ ਨਹੀਂ ਨਾ ਦੇ ਸਕਦੇ ਕੁਛ ਵੀ, ਕਿਉਂ ਕਰਕੇ ਸਰਪੰਚ ਬੁਨਿਆਦ ਹੈ ਸਾਡੀ ਜਮਹੂਰੀਅਤ ਦੀ ਜੀ, ਤੇ ਇਹਦੇ ਨਾਲ ਖੜਨਾ ਹਰੇਕ ਆਦਮੀ ਨੂੰ ਚਾਹੀਦਾ ਹੈਗਾ, ਕਿਉਂ ਕਰਕੇ ਹਰੇਕ ਆਦਮੀ ਦੇ ਦੁੱਖ ਸੁੱਖ ਸਰਪੰਚ ਸੁਣਦਾ ਹੈ। MLA ਨਹੀਂ ਸੁਣ ਸਕਦਾ, MP ਨਹੀਂ ਸੁਣ ਸਕਦਾ, ਹੋਰ ਕੋਈ ਨਹੀਂ ਸੁਣ ਸਕਦਾ। ਸਰਪੰਚ ਹੈ ਜਿਹੜਾ ਸਾਰੇ ਦੁੱਖ ਤਕਲੀਫ ਸੁਣਦਾ ਹੈਗਾ, ਤੇ ਇਹਦੀ ਇੱਜ਼ਤ ਹੋਣੀ ਚਾਹੀਦੀ ਹੈ, ਨਾ ਕਿ ਇਹਨੂੰ ਡਰਾਵੇ ਦੇਣੇ ਚਾਹੀਦੇ ਮਾਨ ਆ। ਸਾਹਿਬ ਜਿਹੜਾ ਤੁਸੀਂ ਪਰਚੀ ਦੀ ਗੱਲ ਕਰੀ ਹੈ, ਇਹ ਮੁੱਦਾ ਜਿਹੜਾ ਇਹ ਗਾਲਾਂ ਕੱਢੀਆਂ ਗਈਆਂ MLA ਦੇ ਵੱਲੋਂ, ਤੁਸੀਂ ਲੋਕ ਸਭਾ ਦੇ ਵਿੱਚ ਇਹ ਚੁੱਕੋਗੇ? ਜੇ ਟਾਈਮ ਮਿਲਿਆ ਤਾਂ ਚੱਕਾਂਗੇ, ਪਰ ਇਹ ਮੇਰਾ ਮਤਲਬ ਹੋਰ ਬੜੇ ਮੁੱਦੇ ਹੁੰਦੇ ਆ ਤੇ ਵਿੱਚ ਗੱਲ ਕਰਦਿਆਂ ਫਸਾ ਸਕਾਂਗੇ ਕਿਸੇ ਗੱਲਬਾਤ ਦੇ ਵਿੱਚ। ਜੀ ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ, ਤੁਸੀਂ ਦੇਖ ਸਕਦੇ ਹੋ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਸਾਡੇ ਨਾਲ ਮੌਜੂਦ ਸਨ, ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰੀ ਆ। ਤਾਂ ਅੱਜ ਸਰਪੰਚ ਦੇ ਹੱਕ ਦੇ ਵਿੱਚ ਪਹੁੰਚੇ ਸੀ, ਸਿਮਰਨਜੀਤ ਸਿੰਘ ਮਾਨ। ਤਾਂ ਇੱਥੇ ਇੱਕ ਪਾਸੇ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਇੱਕ ਪਾਸੇ ਲੋਕਾਂ ਦੇ ਵੱਲੋਂ ਚੁਣੇ ਹੋਏ ਸਰਪੰਚ ਨੂੰ, ਲੋਕਾਂ ਦੇ ਵੱਲੋਂ ਹੀ ਚੁਣੇ ਹੋਏ MLA ਦੇ ਵੱਲੋਂ ਗਾਲਾਂ ਕੱਢੀਆਂ ਗਈਆਂ, ਤਾਂ ਦੂਜੇ ਪਾਸੇ ਲੋਕਾਂ ਦੇ ਵੱਲੋਂ ਚੁਣੇ ਹੋਏ MP ਦੇ ਵੱਲੋਂ ਪਿੰਡ ਨੂੰ ਫੰਡ ਦੀ ਗੱਲ ਕਰੀ ਗਈ। 5 ਲੱਖ ਦਾ ਐਲਾਨ ਕੀਤਾ ਗਿਆ ਕਿ ਉਸੇ ਹਸਪੀਟਲ ਦੇ ਵਿੱਚ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਤਾਂ ਅਸੀਂ ਆਪਣੇ ਫੰਡ ਦੇ ਵਿੱਚੋਂ 5 ਲੱਖ ਰੁਪਇਆ ਦੇਵਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਗਰਾਊਂਡ ਜ਼ੀਰੋ ਤੇ ਰਿਪੋਰਟ ਆ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਸਾਰੇ ਪਿੰਡ ਨੂੰ ਕੱਲੇ ਸਰਪੰਚ ਨੂੰ ਨਾ ਕਹ, ਸਾਰੇ ਪਿੰਡ ਨੂੰ ਕੱਢੀਆਂ ਜਾਂ ਇੱਥੇ ਆਏ ਦਿਨ ਬਾਲੇ ਸਾਡੇ ਨਾਲ, ਅੱਜ ਤੇ ਮਰਜ਼ੀ ਆਏ ਹਾਂ। ਸਾਰੇ MLA ਲੈਬ ਸ਼ਕਾਬ ਦੇ। ਕਿੰਨੀ ਉਮਰ ਹੋ ਗਈ ਬਾਬਾ ਤੁਹਾਡੀ? 80 ਸਾਲ ਦੀ ਹੋ ਗਈ ਜੀ। 80 ਸਾਲਾਂ ਦੀ ਦੇਖਿਆ ਪਹਿਲਾਂ ਕੋਈ ਅਜਿਹਾ MLA MP ਜਿਹੜਾ ਪਿੰਡ ਨੂੰ ਆ ਕੇ ਬੋਲੇ? ਸਾਰੇ ਉੱਤੇ ਫਿਰਦੇ ਨਾਲ, ਇਹਦੇ ਨਾਲ ਤੇਰੇ ਪ੍ਰਦੇਸ਼ ਦਾ ਇਹਦੇ ਨਾਲ ਹੀ ਸਾਰੀ ਹੁਣ ਪਿੰਡ ਮੁੱਢਾ ਸੀ ਇਹਦੇ। ਇਹ ਗਜ਼ਾਰਾ ਨਾਲ ਤਾਂ ਕਿੱਥੇ ਰੁਲਦੇ ਆ। ਸੱਚਾ ਮੋਬਾਈਲ ਵੇਚਦਾ, ਟਰਾਂਸਫਾਰਮ ਵੇਚਦਾ, ਚੋਰ ਖੜਾ ਕਰਕੇ ਉਹ ਬਣਾਤਾ। ਚੋਰ ਨੇ ਚੋਰੀ ਵਾਲੀ ਗੱਲ ਕੀਤੀ, ਬਦਮਾਸ਼ਾਂ ਵਾਲੀ ਗਾਲਾਂ ਕੱਢ ਗਿਆ। ਤੇ ਕੱਲ ਇੱਥੇ ਹੁੰਦੇ ਤਾਂ ਫਿਰ ਢਿੱਡਣਾ ਪਾੜ ਦਿੰਦੇ, ਸ਼ੱਕ ਅੰਦਰ ਜਾ ਵੜਦੇ ਇੱਕ ਜਾਂਦੀ ਅੰਦਰ ਵੀ ਬੰਦੇ ਜਾਂਦੇ ਨੇ। ਕਿਹੜਾ ਬਹੁਤ ਵੱਡੀ ਗਲਤੀ ਕੀਤੀ ਇਹਨਾਂ ਨੇ, ਬਹੁਤ ਬੇਕੂਫੀ ਕੀਤੀ। ਇਦੋਂ ਬੇਕੂਫੀ ਹੋਰ ਕੀ ਹੋ ਸਕਦੀ ਆ? ਸਰਪੰਚ ਨੂੰ ਉਹਦੇ ਪਿਓ ਦੇ ਕਾਤਲ ਨੂੰ ਆਪ ਕਹੇ ਹੋਵੇ ਅੰਦਰ, ਉਹਦਾ ਪਿਓ ਉਹ ਤੋਂ ਮਰਿਆ। ਅਸੀਂ ਕਹਿ ਰਹੇ ਉਹਦਾ ਪਿਓ ਉਹਨੇ ਮਾਰਿਆ ਆਪ। ਕੋਈ ਸਬੂਤ ਹੈ? ਤੁਸੀਂ ਇਹ ਗੱਲ ਬੜੀ ਵੱਡੀ ਕਹਿ ਰਹੇ ਹੋ ਅੱਜ ਇੱਥੇ ਖੜ ਕੇ ਲੋਕਾਂ ਨੇ, ਕਿਉਂਕਿ ਉਹ ਗੁੱਸੇ ਹੋ ਗਿਆ। ਉਹ ਕਿਹਦੇ ਨਾਲ ਮਰਿਆ? ਉਹਦੀ ਮਾਂ ਨਾਲ, ਉਹਦੇ ਨਾਲ ਤੋਇਆ। ਉਹ ਕਿਹਦੇ ਨਾਲ ਗੁੱਸੇ ਹੋਇਆ? ਦੱਸੇ ਕਿਹਦੇ ਨਾਲ ਗੁੱਸੇ ਹੋ ਕੇ ਮਰਿਆ? ਰਿਪੋਰਟ ਤਾਂ ਦੇਵੇ ਮੇਰਾ ਪਿਓ ਮਰਿਆ। ਉਹ ਤਾਂ ਕਹਿੰਦੇ ਅਟੈਕ ਆਇਆ, ਰਿਪੋਰਟਾਂ ਦਿੱਤੀਆਂ ਨੇ, ਕਹਿੰਦੇ ਰਿਪੋਰਟਾਂ ਦੇ ਵਿੱਚ ਕਢਾ ਦਿੱਤੀਆਂ ਜੀ ਪੈਸੇ ਤੇ MLA ਕਾ ਕਢਾ ਦਿੱਤੀਆਂ। ਬਾਈ ਖੜੇ ਨੇ, ਬਾਈ ਨੌਜਵਾਨੋ, ਕੱਲ ਤੁਹਾਡੇ ਪਿੰਡ ਦੇ ਸਰਪੰਚ ਦੇ ਨਾਲ ਕਾਫੀ ਵਧੀਕੀ ਹੋਈ ਹੈ। ਇੱਕ ਮੇਰੇ ਪਿੰਡ ਤਾਂ ਗਿੱਲ ਗੁੱਠੇ ਜਿਉਂ ਸਹਿਣੇ ਨਾਲ ਹੀ ਹੈ। ਹਾਂਜੀ ਆਜੋ ਉਰੇ ਨੂੰ ਆਜੋ ਬਾਬੇ, ਉਰੇ ਨੂੰ ਆਜੋ। ਅੱਜ ਅਸੀਂ ਗੱਲਾਂ ਕਰਨ ਆਏ ਆ ਪਿੰਡ ਦੇ ਨਾਲ। ਜਿੱਥੇ ਮਰਜ਼ੀ ਆ ਜੇ, ਇੱਥੇ ਮਰਜ਼ੀ ਜਦੋਂ ਮਰਜ਼ੀ ਆ ਜੇ, ਤੈਨੂੰ ਦੱਸ ਕੇ ਵੀ ਅਸੀਂ ਆਉਂ ਨਾ ਬੱਚੇ ਦਾ ਸਾਫ ਤੇ ਜਾਵੜਾ ਫਿਰ ਦੇਖ ਲਾਂਗੇ ਜੀ।
ਗਾਂ ਸਣੇ ਕਦੀ ਮੂੰਹ ਵੀ ਕਰਕੇ ਤਾਂ ਕਹਿ ਦਿਓ ਜੀ ਮੂੰਹ ਵੀ ਕਰਕੇ ਤਾਂ ਇਹ 76 ਪੈਣਗੇ ਤਾਂ 76 ਤੁਸੀਂ ਕੋਲੇ ਸੀ ਪ੍ਰਧਾਨ ਜੀ ਕੀ ਗੱਲਬਾਤ ਹੋਈ ਆ ਕੱਲ ਕਿੱਥੋਂ ਸ਼ੁਰੂ ਹੋਈ ਆ ਕਿੱਥੇ ਜਾ ਕੇ ਖਤਮ ਹੋ ਗਈ ਇਹ ਗੱਲ ਗੱਲਬਾਤ ਸਾਡੇ ਮਿੰਨੀ ਹਸਪਤਾਲ ਅੱਡੇ ਤੇ ਬੁਲਾ ਕਰਨੀ ਬਾਕੀ ਇਹ ਪਹਿਲਾਂ ਤੋਂ ਸੀਗਾ ਇੱਥੇ ਜਿਹੜੇ ਪੋਸਟਮਾਰਟਮ ਵੀ ਹੁੰਦੇ ਰਹੇ ਅੰਗਰੇਜ਼ਾਂ ਵੇਲੇ ਦਾ ਹਸਪਤਾਲ ਆ ਇਹ ਸਾਡੇ ਪਿੰਡ ਦੇ ਲਾਰਿਆਂ ਦਾ ਸਮਝਦਾ ਵੀ ਇਹ ਦਾਨ ਕੀਤੀ ਹੋਈ ਜ਼ਮੀਨ ਪੰਚਾਇਤੀ ਜ਼ਮੀਨ ਨਹੀਂ ਇਹਨੂੰ ਬਦਲ ਨਹੀਂ ਸਕਦੇ ਪਹਿਲਾਂ ਕਲੇਰ ਸਰਪੰਚ ਜਦੋਂ ਬਣਿਆ ਸੀ ਉਦੋਂ ਇੱਥੋਂ ਹਸਪਤਾਲ ਬਦਲਣ ਦੀ ਗੱਲ ਕਰੀ ਸੀ ਉਹ ਕਹਿੰਦੇ ਹਸਪਤਾਲ ਰੱਖ ਸਕਦੇ ਬਦਲ ਨਹੀਂ ਸਕਦੇ ਇੱਥੇ ਜਿਹੜੇ ਇਹਨਾਂ ਨੂੰ ਅਸੀਂ ਇਹ ਆਖਿਆ ਵੀ ਜਿਹੜੀ ਸਾਡੀ ਡਿਪੈਂਸਰੀ ਇਹ ਨਾ ਚੱਕੀ ਜਾਵੇ ਇੱਥੇ ਜਿੰਨੇ ਮੁਲਾਜ਼ਮ ਆ ਪੂਰੇ ਕਰੇ ਜਾਣ ਪੰਚਾਇਤ ਨੇ ਇਹ ਗੱਲ ਕਹੀ ਵੀ ਆਹ ਦੁਕਾਨਾਂ ਬਣੀਆਂ ਮੈਂ ਪੰਚਾਇਤ ਘਰ 'ਚ ਜਾਂ ਹੋਰ ਜਗ੍ਹਾ ਉਹ ਦੇ ਦਿੰਦੇ ਆ ਨਹੀਂ ਤੁਹਾਨੂੰ ਜਿੱਥੇ ਚੰਗੀ ਲੱਗਦੀ ਆ ਜੇ ਗੌਰਮੈਂਟ ਕੋਲ ਪੈਸੇ ਨਹੀਂ ਅਸੀਂ ਬਣਵਾ ਕੇ ਦੇ ਦਿੰਦੇ ਆ ਵੀ ਸਾਡੀ ਇਹ ਬਣੀ ਵੀ ਚੀਜ਼ ਨਾ ਚੱਕੀ ਜਾਵੇ ਤੇ ਉਦੋਂ ਬਾਅਦ ਜਦੋਂ ਇਹ ਗੱਲਾਂ ਹੋਈਆਂ ਜਿਹੜੇ ਇਹਨਾਂ ਦੇ ਵਰਕਰ ਸਾਨੂੰ ਕਹਿੰਦੇ ਹੁੰਦੇ ਸੀ ਮਾਨ ਸਾਹਿਬ ਤੋਂ 25 ਬਿਸਤਰਿਆਂ ਦਾ ਹਸਪਤਾਲ ਮੰਗੋ ਮੈਂ ਕਿਹਾ ਇਹਦੇ 'ਚ ਇਹ ਕੋਟੇ 'ਚ ਹੁੰਦਾ ਨਹੀਂ ਵੀ ਹੁਣ ਤੁਹਾਡੀ ਸਰਕਾਰ ਆ ਗਈ ਇਹਨਾਂ ਦੇ ਵਰਕਰ ਕਹਿੰਦੇ ਵੀ ਸੀਗਾ ਜਿਹੜੀ ਸਰਪੰਚ ਨੇ ਗੱਲ ਕਹੀ ਵੀ ਤੁਸੀਂ 17 ਮੰਜਾ ਦਾ ਉਹ ਕਹਿੰਦੇ ਸੀ ਹਸਪਤਾਲ ਦੇਵਾਂਗੇ ਇਹਨੂੰ ਕਹਿੰਦੇ ਝੂਠ ਬੋਲਦਾ ਫਿਰ ਤਰਖੀ ਕਾ ਕੇ ਕਹਿੰਦਾ ਜੇ ਸਰਪੰਚ ਆਦਰੇ ਛਿੱਤਰ ਮਾਰ ਕੇ ਅੰਦਰ ਕੀਤਾ ਹੁੰਦਾ ਫਿਰ ਤੈਨੂੰ ਪਤਾ ਲੱਗਦਾ ਇੱਕ ਨੂੰ ਬੋਲਿਆ ਫਿਰ ਪ੍ਰਸ਼ਾਸਨ ਨੇ ਇਹਨੂੰ ਗਾਹਾਂ ਨੂੰ ਕਰ ਲੈਣਾ ਸੀ ਉਸ 'ਚ ਭੱਟ ਹੁੰਦੀ ਬਿਲਕੁਲ ਤਾਂ ਇਹ ਪੂਰੀ ਜਿਹੜੀ ਕਹਾਣੀ ਹੋਈ ਆ ਇੱਥੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇੱਥੇ ਕਾਫੀ ਲੋਕਾਂ ਦੇ ਵਿੱਚ ਰੋਹ ਆ ਗੁੱਸਾ ਗਾ ਕਿ ਸਾਡੇ ਪਿੰਡ ਦੇ ਸਰਪੰਚ ਨੂੰ ਆਖਰ ਇੱਕ ਐਵੇਂ ਬੋਲ ਕਿਵੇਂ ਗਿਆ ਜਿਹੜਾ ਵਿਰੋਧ ਸੀਗਾ ਉਸ ਵਿਰੋਧ ਦੇ ਵਿੱਚ ਭਦੌੜ ਹਲਕੇ ਦੇ ਵਿਧਾਇਕ ਇਹ ਕਹਿੰਦੇ ਨਜ਼ਰ ਆਏ ਨੇ ਕਿ ਤੇਰੇ ਥੱਪੜੇ ਮਾਰੇ ਜਾਣਗੇ ਤੈਨੂੰ ਥੱਲੇ ਸੁੱਟਿਆ ਜਾਊਗਾ ਉਹ ਕੱਲਾ ਸਰਪੰਚ ਦੇ ਥੱਪੜ ਨਹੀਂ ਵੱਜਿਆ ਜੀ ਵੀਰ ਜੀ ਉਹ ਸਾਰੇ ਪਿੰਡ ਦੇ ਵੱਜ ਗਿਆ ਉਹਨਾਂ ਨੇ ਬਹੁਤ ਗਲਤ ਕਰਿਆ ਸਰਪੰਚ ਸਾਹਿਬ ਦੇ ਨਾਲ ਸਾਰਾ ਪਿੰਡ ਆ ਜੀ ਖੜਾ ਮੁਹੱਲਾ ਕਲੀਨਿਕ ਚਾਹੁੰਦੇ ਹੋ ਪਿੰਡ ਦੇ ਵਿੱਚ ਇਹ ਗੱਲ ਸਾਰੇ ਲੋਕ ਚਾਹੁੰਦੇ ਨੇ ਸਾਡੇ ਹਸਪਤਾਲ ਸੀਗੇ ਬਣਿਆ ਵੱਡਾ ਹਸਪਤਾਲ ਚੱਕ ਕੇ ਸਰਪੰਚ ਸਾਹਿਬ ਕਹਿੰਦੇ ਸੀ ਇੱਥੇ ਸਾਤੋਂ ਜਗ੍ਹਾ ਦੇ ਲਓ ਬਣੇ ਵੀ ਕਮਰੇ ਇੱਥੇ ਬਣਾ ਲਓ ਉਹ ਤਾਂ ਇੱਕ ਜਿੱਦਬਾਜ਼ੀ ਵਾਲੀ ਗੱਲ ਹੈ ਜੀ ਭਗਵੰਤ ਮਾਨ ਇੱਥੇ ਵਾਅਦਾ ਵੀ ਕਰਕੇ ਗਿਆ ਸੀ ਕਹਿੰਦਾ ਮੈਂ 25 ਬਿਸਤਰਿਆਂ ਦਾ ਹਸਪਤਾਲ ਬਣਾਊਂ ਇਹ ਵੀ ਸਟੇਜ ਤੇ ਬੋਲ ਕੇ ਗਿਆ ਸੀ ਜੋ ਕੱਲ ਸਰਪੰਚ ਨੇ ਕਿਹਾ ਕਹਿੰਦਾ ਇਹ ਕੀ ਕਰ ਰਹੇ ਹੋ ਉਹ ਸਰਪੰਚ ਨੂੰ ਪੁੱਠਾ ਬੋਲਿਆ ਕਹਿੰਦਾ ਤੇਰੇ ਮਾਰ ਕੇ ਲਫੇੜੇ ਤੈਨੂੰ ਅੰਦਰ ਛੱਡਿਆ ਹੋਵੇ ਤੈਨੂੰ ਫੇਰ ਪਤਾ ਲੱਗੇ ਇਹ ਕਹਿੰਦਾ ਜੀ ਇੱਥੇ ਫ੍ਰੀ ਟੈਸਟ ਹੋਇਆ ਕਰਨਗੇ ਇਹਦੇ ਪਿੰਡ ਮਹੱਲਾ ਕਲੀਨਿਕ ਬਣਿਆ ਜਾ ਕੇ ਪਹਿਲਾਂ ਉੱਥੇ ਦੇਖੋ ਵੀ ਉਹ ਕਿੰਨੇ ਕੁ ਟੈਸਟ ਹੁੰਦੇ ਆ ਉੱਥੇ ਜਿੰਦਾ ਲੱਗਿਆ ਪਿਆ ਜਿਹੜਾ ਮਾੜਾ ਮੋਟਾ ਇੱਥੇ ਗਰੀਬ ਜਨਤਾ ਨੂੰ ਸਹੂਲਤ ਮਿਲਦੀ ਸੀ ਉਹ ਵੀ ਗਈ ਜੇ ਹੁਣ ਇਹ ਲੋਕ ਦੁਨੀਆ ਉੱਪਰ ਨੂੰ ਜਾ ਰਹੀ ਹੈ ਸਾਡੇ ਪਿੰਡ ਨੂੰ ਥੱਲੇ ਨੂੰ ਲੈ ਕੇ ਜਾ ਰਹੇ ਆ ਇਹ ਆਉਣਗੇ ਵੋਟਾਂ ਮੰਗਣ ਫਿਰ ਕੀ ਉਹਨਾਂ ਨੂੰ ਪੁੱਛੋਗੇ ਕੋਈ ਗੱਲ ਤਾਂ ਪਿੰਡ 'ਚ ਵੀ ਨਹੀਂ ਵੜਨ ਦਿੰਦੇ ਜੀ ਉਹ ਜਿਹੇ ਬੰਦੇ ਨੂੰ ਵੀ ਸਾਡੇ ਪਿੰਡ 'ਚ ਖੁਸ਼ੀ ਆਵੇ ਸਾਰਾ ਪਿੰਡ ਹੀ ਬਾਈਕਾਟ ਕਰੂਗਾ ਵਾਢਿਆਂ ਵਾਲਾ ਉਹਨਾਂ ਦਾ ਸਾਡਾ ਸਰਪੰਚ ਚੁਣਿਆ ਵਾ ਸਾਰੇ ਪਿੰਡ ਦਾ ਚੁਣਿਆ ਵਾ ਇਹ ਥੋੜਾ ਵੀ ਉਹਨੂੰ ਜਦੋਂ ਉਹਦੀ ਹੱਦ ਕਰ ਗਿਆ ਬਾਕੀ ਕੀ ਰਹਿ ਗਿਆ ਪਿੱਛੇ ਸਾਡੇ ਕੋਲ ਆਪਣੀ ਉਮਰ ਦੇ ਵਿੱਚ ਕਦੇ ਦੇਖਿਆ ਸੀ ਇਹੋ ਜਿਹਾ ਕੁਝ ਐਮਐਲਏ ਵੱਲੋਂ ਸਰਪੰਚ ਨੂੰ ਬੋਲਿਆ ਗਿਆ ਹੋਵੇ ਅਸੀਂ ਇਹੋ ਜਿਹਾ ਬੰਦਾ ਅੱਜ ਤੱਕ ਦੇਖਿਆ ਹੀ ਨਹੀਂ ਸੀ ਇਹ ਕਹਿੰਦਾ ਸੀ ਵੀ ਬਦਲਾਅ ਕਰੂੰਗਾ ਹੁਣ ਥਾਂ ਤਾਂ ਚੋਰੀਆਂ ਹੋਈ ਜਾਂਦੀਆਂ ਥਾਂ ਕੋ ਜਿੱਥੇ ਮਰਜ਼ੀ ਲੁੱਟ ਖੋਹ ਹੋਈ ਜਾਂਦੀ ਆ ਆ ਸਾਡੇ ਪਿੰਡਾਂ ਵਾਲੇ ਰਾਹ ਦੇ ਵਿੱਚ ਕੋਈ ਨਹੀਂ ਲੰਘਣ ਦਿੰਦਾ ਹੈ ਇਹਦੇ ਰਾਜ ਦੇ ਵਿੱਚ ਬਦਲਾਅ ਹੋਇਆ ਵਾ ਕੁਲਚਿਆਂ ਵਾਲੇ ਤੋਂ ਵੀ ਪੈਸੇ ਖੋਹੀ ਜਾਂਦੇ ਜੀ ਸਾਡੀ ਸਾਥੋਂ ਗਲਤੀ ਇੱਕ ਬਹੁਤ ਵੱਡੀ ਇਹ ਹੋ ਚੁੱਕੀ ਆ ਜਿਹਦਾ ਅਸੀਂ ਅੱਜ ਖਮਿਆਜਾ ਭੁਗਤ ਰਹੇ ਹਾਂ ਕਿ ਅਸੀਂ ਵਿਰੋਧੀ ਧਿਰ ਹੀ ਨਹੀਂ ਰੱਖੀ ਅਸੀਂ 92 ਦੀਆਂ 92 ਸੀਟਾਂ ਇਹਨਾਂ ਨੂੰ ਦੇ ਬੈਠੇ ਜਦ ਕਿ ਵਿਰੋਧੀ ਧਿਰ ਹੁੰਦੀ ਤਾਂ ਅੱਜ ਇਹ ਇਹਨਾਂ ਗੱਲਾਂ ਤੇ ਨਾ ਉਤਰਦੇ ਕਿਉਂਕਿ ਹੁਣ ਕੋਈ ਬੋਲਣ ਵਾਲਾ ਹੈ ਹੀ ਨਹੀਂ ਅਸੀਂ ਬਖਸ਼ਦੇ ਨਹੀਂ ਸੀਗੇ ਇੱਕ ਬੰਦਾ ਕੱਲ ਤਾਂ ਸਾਨੂੰ ਹੱਥ ਬੰਨ੍ਹ ਕੇ ਵੋਟਾਂ ਮੰਗਦਾ ਮੇਰੀ ਮਦਦ ਕਰੋ ਅਗਲੇ ਦਿਨ ਸਾਨੂੰ ਆ ਕੇ ਲਫੇੜੇ ਦਿਖਾਉਂਦਾ ਕਹਿੰਦਾ ਤੁਹਾਨੂੰ ਜੇਲ੍ਹ 'ਚ ਸਿੱਟਿਆ ਹੋਵੇ ਫਲਾਨਾ ਕਰਿਆ ਹੋਵੇ ਉਹਨੂੰ ਅਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ ਨਹੀਂ ਕਰਦੇ ਐਸਐਚਓ ਸਾਹਿਬ ਤੁਸੀਂ ਕੱਲ ਨਾਲ ਸੀਗੇ ਜਿਹੜੀ ਘਟਨਾ ਵਾਪਰੀ ਆ ਇੱਥੇ ਹੋਇਆ ਜੋ ਕੁਝ ਹੋਇਆ ਤੁਸੀਂ ਕੱਲ ਨਾਲ ਸੀਗੇ ਜਿਹੜਾ ਇੱਥੇ ਕੱਲ ਵਿਧਾਇਕ ਦੇ ਨਹੀਂ ਆਪਾਂ ਵੀ ਗੱਲ ਬਹੁਤ ਬਾਹਲੀ ਜ਼ਰੂਰੀ ਆ ਗੱਲ ਜਿਹੜੀ ਆਪਾਂ ਕਰ ਰਹੇ ਹਾਂ ਲੋਕਾਂ ਦੀ ਮਸਲਾ ਹੈਗਾ ਇਹਨੂੰ ਕਦੇ ਵੀ ਗਾਹਾਂ ਨੂੰ ਸਾਡੇ ਪਿੰਡ 'ਚ ਨਾ ਵੜੇ ਬਸ ਅਸੀਂ ਤਾਂ ਇਹ ਤੋਂ ਬਿਨਾਂ ਹੀ ਚੰਗੇ ਆ ਕਹਿ ਦਈਏ ਵੀ ਗਾਹਾਂ ਨੂੰ ਨਾ ਬੜੇ ਸਹਿਣੇ 'ਚ ਕਹਿੰਦੇ ਵੀ ਸਾਡੇ ਪਿੰਡ 'ਚ ਨਾ ਵੜੇ ਐਮਐਲਏ ਹੁਣ ਪਛਤਾਉਣੇ ਹੋ ਵੀ ਜਾਂ ਬਾਦਲਾਂ ਨੂੰ ਹੀ ਵੋਟ ਪਾ ਕੇ ਜਿਤਾ ਦਿੰਦੇ ਜਾਂ ਚੰਨੀ ਵਰਗਿਆਂ ਨੂੰ ਜਿਤਾ ਦਿੰਦੇ ਅਸੀਂ ਤਾਂ ਜਮਾ ਪਛਤਾਉਨੇ ਆ ਸਾਨੂੰ ਤਾਂ ਪਤਾ ਨਹੀਂ ਸੀ ਵੀ ਅਸੀਂ ਤਾਂ ਕਿ ਵੀ ਗਰੀਬ ਘਰ ਦਾ ਪੁੱਤਾ ਚੱਲ ਬਣਾ ਦਿੰਨੇ ਆ ਇਹਨੂੰ ਤਾਂ ਸਾਰੇ ਨੂੰ ਜਮਾ ਹੀ ਮੱਤ ਨਹੀਂ ਮਾਨ ਸਾਹਿਬ ਤੁਸੀਂ 5 ਲੱਖ ਦਾ ਐਲਾਨ ਕਰਦੇ ਹੋ ਦੂਜੇ ਪਾਸੇ ਐਮਐਲਏ ਗਾਲਾਂ ਕੱਢ ਰਹੇ ਨੇ ਕਿਉਂ ਕਰਕੇ ਹਰੇਕ ਆਦਮੀ ਦੇ ਦੁੱਖ ਸੁੱਖ ਸਰਪੰਚ ਸੁਣਦਾ ਐਮਐਲਏ ਨਹੀਂ ਸੁਣ ਸਕਦਾ ਐਮਪੀ ਨਹੀਂ ਸੁਣ ਸਕਦਾ ਹੋਰ ਕੋਈ ਨਹੀਂ ਸੁਣ ਸਕਦਾ ਸਰਪੰਚ ਹੈ ਜਿਹੜਾ ਸਾਰੇ ਦੁੱਖ ਤਕਲੀਫ ਸੁਣਦਾ ਹੈਗਾ ਗੱਲ ਕਰੀਏ ਇਹ ਮੁੱਦਾ ਜਿਹੜਾ ਇਹ ਗਾਲਾਂ ਕੱਢੀਆਂ ਗਈਆਂ ਐਮਐਲਏ ਦੇ ਵੱਲੋਂ ਤੁਸੀਂ ਲੋਕ ਸਭਾ ਦੇ ਵਿੱਚ ਇਹ ਚੁੱਕੋਗੇ ਜੇ ਟਾਈਮ ਮਿਲਿਆ ਤਾਂ ਚੱਕਾਂਗੇ ਪਰ ਇਹ ਮੇਰਾ ਮਤਲਬ ਹੋਰ ਬੜੇ ਮੁੱਦੇ ਹੁੰਦੇ ਆ
ਇਕੱਲੇ ਸਰਪੰਚ ਨੂੰ ਨਾ ਕਹ ਸਾਰੇ ਪਿੰਡ ਨੂੰ ਕੱਢੀਆਂ ਜਾਂ ਇੱਥੇ ਆਏ ਦਿਨ ਬੰਨ੍ਹ ਸਾਡੇ ਨਾਲ ਅੱਜ ਤੇ ਮਰਜ਼ੀ ਆਏ ਹਾਂ ਸਾਰੇ ਐਮਐਲਏ ਲੈਬ ਸ਼ਕਾਬ ਦੇ ਇੰਨੀ ਜ਼ਿਆਦਾ ਪੁਲਿਸ ਬੁਲਾ ਲਈ। ਤੁਹਾਨੂੰ ਪਤਾ ਹੁਣ ਵੀ ਅੱਜ ਗਲਾ ਵੀ ਦੁਖੀ ਜਾਂਦੇ ਆ। ਕੱਲ ਉੱਥੇ ਇੰਨਾ ਰੋਸ ਪ੍ਰਦਰਸ਼ਨ ਹੋਇਆ, ਲੋਕਾਂ ਨੇ ਇੰਨੀ ਭੈੜੀ ਹਾਲਤ ਕੀਤੀ ਵਿਧਾਇਕ ਨਾਲ। ਜਦੋਂ ਉਹਨੇ ਇਹ ਗੱਲ ਕਹੀ ਵੀ ਤੈਨੂੰ ਥੱਪੜ ਮਾਰ ਕੇ ਸੱਤਾ ਦੇ ਨਸ਼ੇ 'ਚ ਕਿਹਾ ਵੀ ਜੇ ਤੈਨੂੰ ਥੱਪੜ ਮਾਰ ਕੇ ਅੰਦਰ ਸਿੱਟਿਆ ਹੁੰਦਾ ਤਾਂ ਤੈਨੂੰ ਪਤਾ ਲੱਗ ਜਾਂਦਾ, ਪਰ ਉਹਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਸੀ। 22,000 ਆਬਾਦੀ ਵਾਲਾ ਇਹ ਕਸਬਾ ਗਾ, ਇੱਥੇ ਮੁਹੱਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਦੀ ਸਾਨੂੰ ਲੋੜ ਨਹੀਂ। ਉਹਦੇ ਪਿਓ ਦੇ ਕਾਤਲ ਨੂੰ ਆਪ ਕਹੇ ਹੋਵੇ ਅੰਦਰ ਉਹਦਾ ਪਿਓ ਉਹ ਤੋਂ ਮਰਿਆ, ਅਸੀਂ ਕਹਿ ਰਹੇ ਉਹਦੇ ਪਿਓ ਉਹਨੇ ਮਾਰਿਆ ਆਪ। ਵੀ ਸਬੂਤ ਹੈ? ਤੁਸੀਂ ਇਹ ਗੱਲ ਬੜੀ ਵੱਡੀ ਕਹਿ ਰਹੇ ਹੋ ਅੱਜ ਇੱਥੇ ਖੜ ਕੇ ਲੋਕਾਂ ਨੇ, ਕਿਉਂਕਿ ਸੋ ਪੰਜਾਬ ਸਰਕਾਰ ਦੇ ਵੱਲੋਂ ਮੁਹੱਲਾ ਕਲੀਨਿਕਾਂ ਦੀ ਗੱਲ ਕਰੀ ਗਈ ਤਾਂ ਮੁਹੱਲਾ ਕਲੀਨਿਕਾਂ ਨੂੰ ਦੇਖਦੇ ਹੋਏ ਪਿੰਡ ਸੈਣਾ ਦੇ ਵਿੱਚ ਕੱਲ ਇੱਕ ਵਿਰੋਧ ਦਾ ਸਾਹਮਣਾ ਕਰਨਾ ਪਿਆ। ਤਾਂ ਅਸੀਂ ਅੱਜ ਪਿੰਡ ਸੈਣਾ ਦੇ ਵਿੱਚ ਖੜੇ ਹਾਂ, ਤੁਸੀਂ ਦੇਖ ਸਕਦੇ ਹੋ ਇੱਥੇ ਪਿੰਡ ਦੇ ਲੋਕ ਵੀ ਇਕੱਠੇ ਹੋ ਰਹੇ ਨੇ। ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹ ਮੁਹੱਲਾ ਕਲੀਨਿਕ ਚਾਹੁੰਦੇ ਨੇ ਜਾਂ ਨਹੀਂ ਚਾਹੁੰਦੇ। ਤਾਂ ਤੁਸੀਂ ਪਹਿਲਾਂ ਇਹ ਤਸਵੀਰਾਂ ਦੇਖੋ, ਇਸ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪੰਚਾਇਤ ਘਰ ਗ੍ਰਾਮ ਪੰਚਾਇਤ ਸੈਣਾ ਸੰਨ 2020 ਦੇ ਵਿੱਚ ਜਿਹੜਾ ਕਿ ਪੰਚਾਇਤ ਘਰ ਬਣਾਇਆ ਗਿਆ ਸੀ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦੇ ਵੱਲੋਂ। ਤਾਂ ਉਸ ਦਾ ਕੱਲ ਭਦੌੜ ਹਲਕੇ ਦੇ ਵਿਧਾਇਕ ਦੇ ਨਾਲ ਵਿਰੋਧ ਸ਼ੁਰੂ ਹੋ ਗਿਆ। ਜਿਹੜਾ ਵਿਰੋਧ ਸੀਗਾ ਉਸ ਵਿਰੋਧ ਦੇ ਵਿੱਚ ਭਦੌੜ ਹਲਕੇ ਦੇ ਵਿਧਾਇਕ ਇਹ ਕਹਿੰਦੇ ਨਜ਼ਰ ਆਏ ਨੇ ਕਿ ਤੇਰੇ ਥੱਪੜੇ ਮਾਰੇ ਜਾਣਗੇ, ਤੈਨੂੰ ਥੱਲੇ ਸੁੱਟਿਆ ਜਾਊਗਾ। ਅਜਿਹੀਆਂ ਗੱਲਾਂ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀਆਂ ਨੇ। ਤਾਂ ਅਸੀਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਜਿਵੇਂ ਇੰਡੋਜ਼ ਟੀਵੀ ਤੇ ਅਸੀਂ ਤੁਹਾਨੂੰ ਇੱਕ ਇੰਟਰਵਿਊ ਸੁਖਵਿੰਦਰ ਸਿੰਘ ਕਲਕੱਤਾ ਦੀ ਦਿਖਾਈ ਆ, ਤਾਂ ਉਸ ਇੰਟਰਵਿਊ ਦੇ ਚੱਲਦਿਆਂ ਹੀ ਅਸੀਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕਰੀ, ਪਰ ਵਿਧਾਇਕ ਦਾ ਜਿਹੜਾ ਫੋਨ ਸੀ ਉਹਨਾਂ ਦੇ ਵੱਲੋਂ ਚੁੱਕਿਆ ਨਹੀਂ ਗਿਆ, ਬਿਜੀ ਕਰ ਦਿੱਤਾ ਗਿਆ। ਤਾਂ ਅਜਿਹੀਆਂ ਜਿਹੜੀਆਂ ਕਿ ਅਸੀਂ ਗੱਲਾਂ ਬਾਤਾਂ ਅੱਜ ਇੱਥੋਂ ਦੇ ਲੋਕਾਂ ਦੇ ਨਾਲ ਕਰਾਂਗੇ। ਜਿਹੜੇ ਪਿੰਡ ਦੇ ਵਿੱਚੋਂ 4200 ਵੋਟ ਲਾਭ ਸਿੰਘ ਉਗੋਕੇ ਨੂੰ ਪਈ ਹੋਵੇ ਤਾਂ ਉਸ ਪਿੰਡ ਦੇ ਸਰਪੰਚ ਦੇ ਨਾਲ ਅਜਿਹੀ ਵਧੀਕੀ ਆਖਰ ਹੋਈ ਕਿਵੇਂ? ਤਾਂ ਅਸੀਂ ਗੱਲਬਾਤ ਕਰਦੇ ਹਾਂ, ਅੰਦਰ ਚੱਲਦੇ ਹਾਂ ਇਸ ਪੰਚਾਇਤ ਘਰ ਦੇ ਵਿੱਚ। ਬਈ ਬਹੁਤ ਬਹੁਤ ਸਵਾਗਤ ਆ ਪਹਿਲਾਂ ਤੁਹਾਡਾ। ਅਸੀਂ ਤੁਹਾਡੇ ਪਿੰਡ ਦੇ ਵਿੱਚ ਪਹੁੰਚੇ ਹਾਂ। ਜਿਹੜੀ ਕੱਲ ਵਧੀਕੀ ਹੋਈ ਆ ਉਸ ਦਾ ਕੀ ਕਾਰਨ ਸੀ, ਕਿਉਂ ਹੋਈ ਆ ਉਹ ਵਧੀਕੀ? ਜੀ ਬਹੁਤ ਜ਼ਿਆਦਾ ਬਹੁਤ ਗਲਤ ਕਰਿਆ ਜੀ ਉਹਨਾਂ ਨੇ। ਜੇ ਉਹ ਸਮੇਂ ਨੂੰ ਦੇਖਦੇ ਹੋਏ ਉਹ ਗੱਲ ਨੂੰ ਟਾਲ ਸਕਦੇ ਸੀਗੇ ਜੀ। ਉਹਨਾਂ ਨੇ ਬਹੁਤ ਗਲਤ ਕਰਿਆ। ਸਰਪੰਚ ਸਾਹਿਬ ਦੇ ਨਾਲ ਸਾਰਾ ਪਿੰਡ ਆ ਜੀ ਖੜਾ, ਤੇ ਉਹਨਾਂ ਦੀ ਬਹੁਤ ਵੱਡੀ ਇਹ ਚੀਜ਼ ਤੇ ਗਲਤੀ ਆ, ਨਲਾਇਕੀ ਆ। ਜੇ ਐਮਐਲਏ ਆਮ ਲੋਕਾਂ ਨੇ ਚੁਣ ਕੇ ਇਹੋ ਜਿਹਾ ਕੁਝ ਕਰਨਗੇ ਤਾਂ ਲੋਕ ਕਿੱਥੇ ਜਾ ਕੇ ਆਪਣੀ ਸੁਣਵਾਈ ਕਰਨਗੇ? ਬਸ ਮੈਂ ਤਾਂ ਇੰਨਾ ਕਹਿੰਦਾ ਹੋਇਆ ਜੀ। ਬਈ ਜੀ ਮੁਹੱਲਾ ਕਲੀਨਿਕ ਚਾਹੁੰਦੇ ਹੋ ਕਿਉਂਕਿ ਪਿੰਡ ਦਾ ਸਰਪੰਚ ਵੀ ਲੋਕਾਂ ਦੇ ਵੱਲੋਂ ਚੁਣਿਆ ਗਿਆ ਤੇ ਵਿਧਾਇਕ ਵੀ ਲੋਕਾਂ ਦੇ ਵੱਲੋਂ ਚੁਣਿਆ ਗਿਆ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ, ਤਾਂ ਫਿਰ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਕਿਉਂ ਭੱਜੇ ਲਾਭ ਸਿੰਘ ਉਗੋਕੇ? ਤਾਂ ਅਸੀਂ ਇੱਥੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਜੀ ਮੁਹੱਲਾ ਕਲੀਨਿਕ ਚਾਹੁੰਦੇ ਹੋ ਪਿੰਡ ਦੇ ਵਿੱਚ? ਨਹੀਂ ਚਾਹੁੰਦੇ ਜੀ। ਵਾਹਿ ਖਾਲਸਾ ਵਾਹਿ ਫਤਿਹ। ਇਹ ਗੱਲ ਸਾਰੇ ਲੋਕ ਚਾਹੁੰਦੇ ਨੇ। ਸਾਡੇ ਹਸਪਤਾਲ ਸੀਗੇ ਬਣਿਆ ਵੱਡਾ, ਹਸਪਤਾਲ ਚੱਕ ਕੇ ਸਰਪੰਚ ਸਾਹਿਬ ਕਹਿੰਦੇ ਸੀ ਇੱਥੇ ਸਾਨੂੰ ਜਗ੍ਹਾ ਦੇ ਲਓ, ਬਣੇ ਵੀ ਕਮਰੇ ਇੱਥੇ ਬਣਾ ਲਓ। ਉਹ ਤਾਂ ਇੱਕ ਜਿੱਦਬਾਜ਼ੀ ਵਾਲੀ ਗੱਲ ਆ ਜੀ। ਗਲਤ ਸਾਡਾ ਤਾਂ ਹਸਪਤਾਲ ਬਣਿਆ ਵਾ, ਹਸਪਤਾਲ ਚੱਕਦੇ ਆ, ਲਾਉਂਦੇ ਬਣਾਉਂਦੇ ਆ। ਅਸੀਂ ਤਾਂ ਮੰਨਦੇ ਨਹੀਂ ਇਹ ਗੱਲ ਨੂੰ। ਅਸੀਂ ਤਾਂ ਕਹਿੰਦੇ ਸਾਡੀ ਚਾਹੀਦੀ ਨਹੀਂ ਇਹ ਹਸਪਤਾਲ ਹੈਗਾ ਸਾਡੇ ਕੀ ਲੋੜ ਹੈ? ਜਿਹੜੇ ਥੱਪੜੇ ਮਾਰਨ ਦੀ ਗੱਲ ਕਰੀ ਲਾਭ ਸਿੰਘ ਉਗੋਕੇ ਦੇ ਵੱਲੋਂ, ਬਹੁਤ ਗਲਤ ਗੱਲ ਕਰੀ। ਸਾਰੇ ਪਿੰਡ ਨੂੰ ਕਿਹਾ ਜੀ ਕਿ ਸਰਪੰਚ ਥੋੜ੍ਹਾ ਕਿਹਾ ਚੁਣਿਆ ਵਾ, ਤਾਂ ਸਰਪੰਚ ਪਿੰਡ ਦਾ ਹੀ ਆ ਨਾ। ਚੁਣੇ ਬੰਦੇ ਨੂੰ ਕਹਿਣਾ, ਸਰਪੰਚ ਨੂੰ ਕਹਿਣਾ, ਤਾਂ ਸਾਨੂੰ ਕਿਹਾ, ਤਾਂ ਸਾਰੇ ਪਿੰਡ ਨੂੰ ਕਿਹਾ ਜੀ। ਹਾਂ ਗਲਤ ਕਿਹਾ ਸਾਨੂੰ, ਬਹੁਤ ਗਲਤ ਕਰਿਆ ਜੀ। ਹਾਂਜੀ ਉਹ ਕੱਲਾ ਸਰਪੰਚ ਦੇ ਥੱਪੜ ਨਹੀਂ ਵੱਜਿਆ ਜੀ ਵੀਰ ਜੀ, ਉਹ ਸਾਰੇ ਪਿੰਡ ਦੇ ਵੱਜ ਗਿਆ। ਬਾਕੀ ਉਹ ਜਿੱਥੇ ਉਹਨਾਂ ਨੇ ਮੁਹੱਲਾ ਕਲੀਨਿਕ ਬਣਾਇਆ, ਉਹ ਜਿਹੜੀ ਇਹ ਬਿਲਡਿੰਗ ਆ ਉਹ ਅੰਗਰੇਜ਼ਾਂ ਦੇ ਟਾਈਮ ਦੀ ਬਣੀ ਹੋਈ ਆ। ਉਹਦੇ ਤੇ 2 ਪੀਪੀਆਂ ਰੰਗ ਦੀਆਂ ਕਰਕੇ ਤੇ 2000 ਲੋਕੇਟ ਲਾ ਕੇ ਉਸੇ ਨੂੰ ਦੁਬਾਰੇ ਇਹਨਾਂ ਨੇ ਤਿਆਰ ਕੀਤਾ। ਜਦ ਕਿ ਸਰਪੰਚ ਸਾਹਿਬ ਨੇ ਇਹ ਗੱਲ ਆਖੀ ਸੀ ਵੀ ਤੁਸੀਂ ਬਣਾਉਣਾ ਜੀ ਸਦਕੇ ਬਣਾਓ, ਕੋਈ ਇਤਰਾਜ਼ ਨਹੀਂ, ਸਾਨੂੰ ਤੁਹਾਨੂੰ ਜਗ੍ਹਾ ਦੇ ਦਿੰਦੇ ਆ। ਜੇ ਤੁਸੀਂ ਤੁਹਾਡੇ ਕੋਲੇ ਬਣਾਉਣ ਨੂੰ ਪੈਸੇ ਨਹੀਂ ਹੈਗੇ, ਅਸੀਂ ਤੁਹਾਨੂੰ ਬਣੀ ਬਣਾਈ ਬਿਲਡਿੰਗ ਦੇ ਦਿੰਦੇ ਆ। ਤੇ ਇਹਦੇ ਉੱਪਰ ਹੋਰ ਉਹਨਾਂ ਨੂੰ ਕੀ ਚਾਹੀਦਾ ਸੀ? ਜਦ ਕਿ ਸਰਪੰਚ ਸਾਹਿਬ ਨੇ ਇਹ ਕਹਿਤਾ ਸੀ 1 ਤੋਲਾ ਗੋਲਡ ਦੇ ਨਾਲ ਸਨਮਾਨਿਤ ਕਰਾਂਗੇ ਅਸੀਂ ਐਮਐਲਏ ਸਾਹਿਬ ਨੂੰ। ਹੋਰ ਇਹਦੇ ਦੇ ਉੱਪਰ ਦੀ ਉਹਨਾਂ ਨੂੰ ਕੀ ਚਾਹੀਦਾ ਸੀ? ਉਹ ਤਾਂ ਇੱਕ ਗੁੰਡਾਗਰਦੀ ਵਾਲਾ ਕੰਮ ਹੈ ਜੀ ਜਿਹੜਾ ਉਹ ਕਰਕੇ ਗਏ ਨੇ ਪਹਿਲੀਆਂ ਸਰਕਾਰਾਂ ਵਾਂਗੂ ਜਮਾ ਜੀ। ਇਹ ਤਾਂ ਪਹਿਲੀਆਂ ਦਾ ਵੀ ਰਿਕਾਰਡ ਤੋੜਤਾ, ਪਹਿਲੀਆਂ ਦੇ ਵੀ ਰਿਕਾਰਡ ਤੋੜਤਾ। ਆ ਪੱਖੋ ਇਹ ਕਹਿੰਦਾ ਜੀ ਇੱਥੇ ਫ੍ਰੀ ਟੈਸਟ ਹੋਇਆ ਕਰਨਗੇ। ਇਹਦੇ ਪਿੰਡ ਮੁਹੱਲਾ ਕਲੀਨਿਕ ਬਣਿਆ, ਜਾ ਕੇ ਪਹਿਲਾਂ ਉੱਥੇ ਦੇਖੋ ਵੀ ਉਹ ਕਿੰਨੇ ਕੁ ਟੈਸਟ ਹੁੰਦੇ ਆ। ਉੱਥੇ ਜਿੰਦਾ ਲੱਗਿਆ ਪਿਆ। ਪੱਖੋ ਪਿੰਡ ਆ ਜੀ, ਉੱਥੇ ਜਿੰਦਾ ਲੱਗ ਗਿਆ। ਤੇ ਇੱਥੋਂ ਜਦੋਂ ਇਹਨੇ ਮੁਹੱਲਾ ਕਲੀਨਿਕ ਬਣਾਇਆ, ਉੱਥੇ ਸਾਡੇ ਪਿੰਡੋਂ ਡਾਕਟਰ ਚਲਾ ਗਿਆ। ਜਿਹੜਾ ਮਾੜਾ ਮੋਟਾ ਇੱਥੇ ਗਰੀਬ ਜਨਤਾ ਨੂੰ ਸਹੂਲਤ ਮਿਲਦੀ ਸੀ ਉਹ ਵੀ ਗਈ। ਜੇ ਹੁਣ ਇਹ ਲੋਕ ਦੁਨੀਆ ਉੱਪਰ ਨੂੰ ਜਾ ਰਹੀ ਹੈ, ਸਾਡੇ ਪਿੰਡ ਨੂੰ ਥੱਲੇ ਨੂੰ ਲੈ ਕੇ ਜਾ ਰਹੇ ਆ। ਇਹ 100 ਬਿਸਤਰੇ ਦਾ ਪਾਸ ਹੋਇਆ ਵਾ
ਹਸਪੀਟਲ ਆ ਜੀ ਤੇ ਬਣ ਰਿਹਾ ਮੁਹੱਲਾ ਕਲੀਨਿਕ। 18000 ਵੋਟ ਦਾ ਇਹ ਪਿੰਡ ਆ। ਬਿਲਕੁਲ ਹੈ ਜੀ, 18000 ਵੋਟ ਪਿੰਡ ਮੁਹੱਲਾ ਕਲੀਨਿਕ, ਤਾਂ ਫਿਰ ਪਿੰਡ ਕਿਹੜਾ ਰਹਿ ਜਾਊਗਾ? ਤੁਸੀਂ ਜਦੋਂ ਇਹਨਾਂ ਨੂੰ ਜਿਤਾਇਆ ਇਹ ਕਹਿੰਦੇ ਸੀ ਕਿ ਅਸੀਂ ਇੱਥੇ ਬੈਠੇ ਰਿਹਾ ਕਰਾਂਗੇ, ਸੈਣੇ ਦੇ ਵਿੱਚੋਂ ਜਾਇਆ ਨਹੀਂ ਕਰਨਾ, ਲੋਕ ਆਖਣਗੇ ਕਿ ਇੱਥੋਂ ਤੁਰ ਜਾਓ। ਬਾਈ ਜੀ ਸਾਥੋਂ ਗਲਤੀ ਇੱਕ ਬਹੁਤ ਵੱਡੀ ਇਹ ਹੋ ਚੁੱਕੀ ਆ, ਜਿਹਦਾ ਅਸੀਂ ਅੱਜ ਖਮਿਆਜਾ ਭੁਗਤ ਰਹੇ ਹਾਂ ਕਿ ਅਸੀਂ ਵਿਰੋਧੀ ਧਿਰ ਹੀ ਨਹੀਂ ਰੱਖੀ। ਅਸੀਂ 92 ਦੀਆਂ 92 ਸੀਟਾਂ ਇਹਨਾਂ ਨੂੰ ਦੇ ਬੈਠੇ, ਜਦ ਕਿ ਵਿਰੋਧੀ ਧਿਰ ਹੁੰਦੀ ਤਾਂ ਅੱਜ ਇਹ ਇਹਨਾਂ ਗੱਲਾਂ ਤੇ ਨਾ ਉਤਰਦੇ, ਕਿਉਂਕਿ ਹੁਣ ਕੋਈ ਬੋਲਣ ਵਾਲਾ ਹੈ ਹੀ ਨਹੀਂ। ਇਹ ਮਨਾਈਆਂ ਕਰ ਰਹੇ ਆ, ਜਿੱਦਾਂ ਇਹਨਾਂ ਦੇ ਦਿਲ ਕਰਦਾ ਉਦਾਂ ਹੀ ਇਹ ਕਰਦੇ ਆ। ਬਿਲਕੁਲ ਬਈ, ਕੀ ਲੱਗਦਾ ਇਹੀ ਸੀ ਦਿੱਲੀ ਮਾਡਲ ਜਿਹੜਾ ਪਿੰਡ ਦੇ ਸਰਪੰਚ ਨੂੰ ਕਿਹਾ ਗਿਆ ਕਿ ਅਸੀਂ ਥੱਪੜ ਮਾਰ ਦਿਆਂਗੇ? ਇਹ ਬਹੁਤ ਗਲਤ ਮੰਦਭਾਗੀ ਇਹਨਾਂ ਦੀ ਉਹ ਆ ਜਿਹੜੀ ਬੋਲਿਆ, ਬਹੁਤ ਗਲਤ ਬੋਲਿਆ। ਇਹ ਸਾਰੇ ਪਿੰਡ ਦੇ ਮੂੰਹ ਤੇ ਚਪੇੜ ਮਾਰਨ ਵਾਲਾ ਕੰਮ ਕੀਤਾ ਇਹਨਾਂ ਨੇ, ਤੇ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਕੀਤਾ ਸੀਗਾ, ਵੋਟਾਂ ਪਾਈਆਂ ਸੀਗੀਆਂ। ਤੇ ਜਿਹੜਾ ਦਿੱਲੀ ਮਾਡਲ ਤਾਂ ਬਹੁਤ ਦੂਰ ਦੀ ਗੱਲ ਆ। ਇਹਨੇ ਪੰਜਾਬ ਦਾ ਮਾਡਲ ਵੀ ਨਹੀਂ ਰਹਿਣ ਦਿੱਤਾ। ਇਹ ਜਿਹੜਾ ਪਹਿਲਾਂ ਸਰਕਾਰਾਂ ਨੇ ਜਿਵੇਂ ਬਣਿਆ ਆ ਰਿਹਾ ਸੀਗਾ, ਬਹੁਤ ਸਾਲਾਂ ਤੋਂ ਸਾਡੇ ਸਰਕਾਰੀ ਹਸਪਤਾਲ ਬਣਿਆ ਹੋਇਆ ਸੀਗਾ, ਉਹਨੂੰ ਮੁਹੱਲਾ ਕਲੀਨਿਕ ਦੇ ਵਿੱਚ ਬਦਲ ਦਿੱਤਾ ਗਿਆ। ਇਹ ਹਾਂਜੀ ਅੱਜ ਤਾਂ ਇਹਨੂੰ ਚਾਹੁੰਦੇ ਨਹੀਂ ਵੀ ਸਾਡੇ ਬਣੇ, ਸਾਨੂੰ ਲੋੜ ਨਹੀਂ, ਸਾਡੇ ਹਸਪਤਾਲ ਹੈਗਾ। ਬਿਲਕੁਲ, ਤਾਂ ਪਿੰਡ ਦੇ ਲੋਕ ਹੀ ਨਹੀਂ ਚਾਹੁੰਦੇ ਕਿ ਸਾਡੇ ਮੁਹੱਲਾ ਕਲੀਨਿਕ ਬਣੇ, ਤਾਂ ਫਿਰ ਕੀ ਇਹ ਥੋਪਿਆ ਜਾ ਰਿਹਾ ਮੁਹੱਲਾ ਕਲੀਨਿਕ ਇਹਨਾਂ ਪਿੰਡ ਵਾਸੀਆਂ ਦੇ ਉੱਪਰ? ਤਾਂ ਇਹ ਵੀ ਇੱਕ ਗੱਲਬਾਤ ਕਰਾਂਗੇ। ਜਿਹੜੇ ਮੁਹੱਲਾ ਕਲੀਨਿਕਾਂ ਦਾ ਰੌਲਾ ਪਾਇਆ ਜਾ ਰਿਹਾ, ਅਸੀਂ ਕੱਲੇ ਪਿੰਡ ਦੇ ਵਿੱਚ ਜਾਵਾਂਗੇ। ਜਿਹੜੇ ਪਿੰਡਾਂ ਦੇ ਵਿੱਚ ਪਹਿਲਾਂ ਡਿਸਪੈਂਸਰੀਆਂ ਬਣੀਆਂ ਹੋਈਆਂ ਜਾਂ ਜਿਹੜੇ ਪਿੰਡਾਂ ਦੇ ਵਿੱਚ ਪਹਿਲਾਂ ਸੇਵਾ ਕੇਂਦਰ ਬਣੇ ਹੋਏ ਨੇ, ਉਹਨਾਂ ਸੇਵਾ ਕੇਂਦਰਾਂ ਦੇ ਉੱਪਰ ਕਈ ਥਾਵਾਂ ਤੇ ਰੰਗ ਮਾਰਦੇ ਹੋਏ ਅਸੀਂ ਤੁਹਾਨੂੰ ਪਹਿਲਾਂ ਵੀ ਤਸਵੀਰਾਂ ਦਿਖਾ ਦਿੱਤੀਆਂ ਨੇ। ਡਿਸਪੈਂਸਰੀਆਂ ਦੇ ਉੱਪਰ ਵੱਡੇ ਪੋਸਟਰ ਲਗਾਉਂਦੇ ਅਸੀਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਹਾਂ। ਤਾਂ ਇੱਥੇ ਲੋਕ ਨੇ ਜਿਹੜੇ ਉਹ ਸਾਡੇ ਨਾਲ ਜੁੜੇ ਹੋਏ ਨੇ। ਆਹੀ ਪਿੰਡ ਆ ਬਈ? ਹਾਂ ਜੀ, ਸਣੀ ਕੱਲ ਸਰਪੰਚ ਦੇ ਨਾਲ ਜਿਹੜੀ ਕਿ ਵਧੀਕੀ ਹੋਈ ਆ, ਆਪਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੈਗਾ। ਐਡਾ ਰੌਲਾ ਪੈ ਗਿਆ, ਪੂਰਾ ਪੰਜਾਬ ਚੱਲ ਗਿਆ ਜੀ, ਲਾਮ ਗਿਆ ਜੀ ਕੱਲ ਮੈਂ ਜੀ। ਅੱਜ ਫਿਰ ਕਿਹਦੇ ਹੱਕ ਚ ਆਏ ਹੋ ਇੱਥੇ? ਤੁਹਾਨੂੰ ਪਤਾ ਬਾਈ ਵਾਂਗੂ ਕਿਤੇ ਇਹ ਨਾ ਹੋਵੇ ਵੀ ਪਤਾ ਹੀ ਨਹੀਂ ਹੈਗਾ? ਪਤਾ ਹੈਗਾ। ਹਸਪੀਟਲ ਸਾਡੇ 2 ਆ, ਇੱਕ ਹੈਗਾ ਗਾ ਉਧਰ ਆਪਣਾ ਨਹਿਰ ਵਾਲੇ ਉਹ ਪੁਲ ਤੇ ਇੱਧਰ ਅੱਡੇ ਦੇ ਉੱਤੇ ਆ, ਇੱਕ ਇੱਧਰ ਹੈਗਾ। ਤੇ ਜਾਣੇ ਦੀ ਮੁਹੱਲਾ ਕਲੀਨਿਕ ਸਰਪੰਚ ਸਾਹਿਬ ਕਹਿੰਦੇ ਸੀ ਵੀ ਇੱਥੇ ਬਣਾ ਲਓ, ਵੀ ਉੱਥੇ ਸਾਨੂੰ ਵੱਡਾ ਡਾਕਟਰ ਦੇ ਦਿਓ, ਵੀ ਜਾਣੇ ਦੀ 28 ਬਿਸਤਰਿਆਂ ਦਾ ਹਸਪੀਟਲ ਬਣਾਓ। ਮੁਹੱਲਾ ਕਲੀਨਿਕ ਬਣਾਉਣੀ ਇੱਥੇ ਬਣਾਓ, ਨਹੀਂ ਪਿੰਡਾਂ ਦੇ ਵਿੱਚ ਬਣਾਓ। ਜਿਵੇਂ ਇਹਦਾ ਪਿੰਡ ਆ ਛੋਟੇ ਪਿੰਡ ਆ, 20,000 ਦੇ ਲਗਭਗ ਵੋਟ ਆ ਇੱਥੇ, ਤੇ ਵੀ ਸਾਨੂੰ ਵੱਡਾ ਡਾਕਟਰ ਚਾਹੀਏ। ਇਹਨਾਂ ਨੇ ਮੁਹੱਲਾ ਕਲੀਨਿਕ ਬਣਾਉਣੀ ਸੀ ਤਾਂ ਇੱਥੇ ਬਣਾ ਲੈਂਦੇ। ਸਰਪੰਚ ਨੂੰ ਬਹੁਤ ਗਲਤ ਬੋਲਿਆ ਇਹ ਬਹੁਤ ਮਾੜੀ ਗੱਲ ਆ ਉਹਦੀ। ਬਿਲਕੁਲ, ਤਾਂ ਇਹ ਵੀ ਇੱਥੇ ਦੱਸਿਆ ਜਾ ਰਿਹਾ ਕਿ ਕੱਲ ਪਿੰਡ ਦੇ ਬੰਦਿਆਂ ਨੂੰ ਫੋਰਸ ਲਗਾਈ ਗਈ ਹੈਗੀ, ਇੱਥੇ ਕਮਾਂਡੋ ਮੰਗਾਈ ਗਿਆ। ਅਜਿਹਾ ਕੁਝ ਹੋਇਆ ਇੱਥੇ? ਬਾਈ ਜੀ, ਇਹ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਇੱਕ ਐਮਐਲਏ ਆਵੇ ਉਦਘਾਟਨ ਕਰਨ ਵਾਸਤੇ ਔਰ ਬਾਹਰ ਧਰਨਾ ਲੱਗਿਆ ਹੋਇਆ, ਔਰ ਉਹਨਾਂ ਬੰਦਿਆਂ ਨੇ ਜਦੋਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਰੋਕਿਆ ਗਿਆ, ਗੇਟ ਲਾ ਦਿੱਤਾ ਗਿਆ। ਤੇ ਫਿਰ ਉਹਦਾ ਉਦਘਾਟਨ ਕਰਨ ਦਾ ਕਿਹਨੂੰ ਦਿਖਾਉਣ ਆਇਆ ਸੀ? ਉਦਘਾਟਨ ਕਰਕੇ ਉਹ ਇਕੱਲਾ ਹੀ ਕਰਕੇ ਗਿਆ, ਔਰ ਆਪਦੇ ਪ੍ਰਸ਼ਾਸਨ ਦੇ ਜ਼ੋਰ ਨਾਲ ਕਰਕੇ ਗਿਆ। ਜੇ ਆਪਾਂ ਕਹਿ ਦਈਏ ਵੀ ਉਹ ਜਨਤਾ ਦੇ ਵਿੱਚ ਆ ਕੇ ਉਦਘਾਟਨ ਕਰਕੇ ਗਿਆ, ਇਹਨੂੰ ਉਦਘਾਟਨ ਨਹੀਂ ਅਸੀਂ ਮੰਨਦੇ। ਜਿਹੜਾ ਪ੍ਰਸ਼ਾਸਨ ਦੀ ਤੁਸੀਂ ਗੱਲ ਕਰੀ ਆ, ਸੈਣੇ ਦੇ ਪੁਲਿਸ ਵਾਲੇ ਸੀਗੇ ਨਾਲ? ਸੈਣੇ ਦੇ ਵੀ ਸੀਗੇ, ਬਾਹਰ ਦੀ ਵੀ ਆਈ, ਬਰਨਾਲੇ ਤੋਂ ਵੀ ਸੀਗੇ ਜੀ। ਪੁਲਿਸ ਵਾਲੇ ਤਾਂ ਮੁਲਾਜ਼ਮ ਆਏ ਹੋਏ ਸੀਗੇ, ਤਹਿਸੀਲਦਾਰ ਸੀ, ਐਸਡੀਐਮ ਸੀ, ਆਪਣਾ ਸਿਵਲ ਸਰਜਨ ਸੀਗਾ ਜੀ। ਬਿਲਕੁਲ, ਤਾਂ ਅਸੀਂ ਇੱਥੇ ਸਿਕਿਉਰਿਟੀ ਵੀ ਆਈ ਆ, ਪੁਲਿਸ ਪ੍ਰਸ਼ਾਸਨ ਵੀ ਆਇਆ ਹੋਇਆ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸੈਣੇ ਦਾ ਜਿਹੜਾ ਐਸਐਚਓ ਆ ਉਹ ਵੀ ਇੱਥੇ ਆਇਆ ਹੋਇਆ ਮੌਜੂਦ ਆ, ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਾਂਗੇ, ਗੱਲਬਾਤ ਕਰਾਂਗੇ। ਇਸੇ ਤਹਿਤ ਹੀ ਅਸੀਂ ਅੱਜ ਜਿਹੜੀ ਪੂਰੀ ਜਿਹੜੀ ਤਸਵੀਰ ਆ ਇਹ ਪਿੰਡ ਦੇ ਲੋਕਾਂ ਦੀ ਦਿਖਾ ਰਹੇ ਹਾਂ। ਕੁਲਦੀਪ ਇਧਰਲੇ ਪਾਸੇ ਨੂੰ ਕੈਮਰਾ ਦਿਖਾ ਦੇ ਉਰੇ ਖੜ ਕੇ, ਕਿਉਂਕਿ ਸਾਰੇ ਲੋਕ ਖੜੇ ਨੇ। ਇਹ ਸਾਰੇ ਲੋਕ ਪਿੰਡ ਸੈਣੇ ਦੇ ਨੇ, ਜਿਹੜੇ ਪਿੰਡ ਦੇ ਵਿੱਚੋਂ ਜਿਤਾਇਆ ਗਿਆ ਹੋਵੇ, ਜਿਹੜੇ ਪਿੰਡ ਦੇ ਵਿੱਚੋਂ 4200 ਤੋਂ ਵੱਧ ਵੋਟ ਲਾਭ ਸਿੰਘ ਉਗੂਕੇ ਨੂੰ ਪਈ ਹੋਵੇ, ਤਾਂ ਉਸੇ ਪਿੰਡ ਦੇ ਸਰਪੰਚ ਨੂੰ ਅਜਿਹੀ ਗੱਲ ਕਹੀ ਗਈ ਕਿ ਅਸੀਂ ਤੇਰੇ ਥੱਪੜ ਮਾਰਾਂਗੇ, ਅਸੀਂ ਤੈਨੂੰ ਅੰਦਰ ਸੁੱਟ ਦਿਆਂਗੇ। ਅਜਿਹੀਆਂ ਗੱਲਾਂ ਕਹੀਆਂ ਗਈਆਂ। ਬਾਬਾ ਕੱਲ ਬਹੁਤ ਵਧੀਕੀ ਹੋਈ ਆ ਪਿੰਡ ਨਾਲ, ਪਤਾ ਨਹੀਂ ਤੁਹਾਨੂੰ? ਖੇਤ ਕਿਹੜਾ ਇੰਗਲੈਂਡ 'ਚ ਹੋਣਾ, ਇੱਥੇ ਖੇਤ ਆ ਪਿੰਡ ਦੇ ਵਿੱਚ। ਪਤਾ ਤਾਂ ਹੋਊ ਮਾੜਾ ਮੋਟਾ ਵੀ ਕੀ ਗੱਲਬਾਤ ਹੋਈ ਆ, ਪਤਾ ਨਹੀਂ ਬਈ ਤੁਹਾਨੂੰ ਪਤਾ ਕੁਛ? ਹਾਂਜੀ, ਬਹੁਤ ਮੰਦਭਾਗੀ ਗੱਲ ਹੈ ਜੀ ਇਹ, ਜਿਹੜੀ ਸਰਪੰਚ ਨੂੰ ਥੱਪੜ ਮਾਰਨ ਵਾਲੀ ਗੱਲ ਕਹੀ ਗਈ ਉਹਨਾਂ ਦੇ ਵਾਸਤੇ। ਤੇ ਗਲਤ ਆ ਜੀ ਪਿੰਡ ਲਾਭ ਸਿੰਘ ਉਗੂਕੇ ਵਾਸਤੇ ਜੀ। ਤੇ ਉਹ ਹਸਪੀਟਲ ਤਾਂ ਮਸਾ ਹਸਪੀਟਲ ਮਿਲਿਆ ਹੋਇਆ ਜੀ, ਉਸ ਨੂੰ ਕਿੱਥੇ ਅਪਗ੍ਰੇਡ ਕਰਕੇ ਵੱਡਾ ਕਰਨਾ ਚਾਹੀਦਾ ਸੀਗਾ ਜੀ। ਉਹਨੂੰ ਨੀਚੇ ਲੈ ਕੇ ਆ ਰਿਹਾ, ਥੱਲੇ ਆ ਗਿਆ। ਉੱਥੇ ਇਹ ਵੀ ਕਿਹਾ ਗਿਆ ਵੀ ਉਹਨਾਂ ਨੂੰ ਜਗ੍ਹਾ ਪਾਸੇ ਤੇ ਜਗ੍ਹਾ ਦੇ ਦਿੰਦੇ ਹੈਗੇ, ਵੀ ਕਿਤੇ ਵੀ ਬਣਾ ਲਓ ਪਾਸੇ ਤੇ ਜਗ੍ਹਾ, ਜੇ ਨਹੀਂ ਤੁਹਾਡੇ ਕੋਲ ਇਹ ਜਗ੍ਹਾ ਪਈ ਬਿਲਡਿੰਗ ਵੀ ਦੇ ਦਿੰਦੇ ਹੈਗੇ। ਇਸ ਕਰਕੇ ਉਹਨੂੰ ਤੇ ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਪਹਿਲਾਂ ਕਿਹਾ ਜੀ ਵੀ 17 ਬਿਸਤਰੇ ਦਾ ਹਸਪਤਾਲ ਦੇਵਾਂਗੇ, ਤੇ ਇਸ ਗੱਲ ਤੇ ਉਹ ਗਰਮ ਹੋ ਗਿਆ ਵੀ ਉਦੋਂ ਥੱਪੜ ਮਾਰ ਕੇ ਉਹਨੂੰ ਅੰਦਰ ਛੱਡ ਦਿਆਂਗੇ।
ਤੇ ਬਹੁਤ ਗਲਤ ਗੱਲ ਹੈ ਜੀ ਇਹ। ਬਿਲਕੁਲ, ਤਾਂ ਹਰ ਕੋਈ ਇਹੀ ਕਹਿ ਰਿਹਾ ਕਿ ਬਹੁਤ ਗਲਤ ਗੱਲ ਹੈ। ਇੱਥੇ ਅਸੀਂ ਨੌਜਵਾਨਾਂ ਦੇ ਨਾਲ ਵੀ ਗੱਲ ਕਰਾਂਗੇ, ਇੱਥੇ ਬਜ਼ੁਰਗਾਂ ਦੇ ਨਾਲ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ ਪੰਚਾਇਤ ਘਰ ਦੀ। ਜਿਹੜੇ ਪੰਚਾਇਤ ਘਰ ਦੇ ਉੱਪਰ ਜਦੋਂ ਅਸੀਂ ਸੁਖਵਿੰਦਰ ਸਿੰਘ ਕਲਕੱਤੇ ਦੇ ਨਾਲ ਗੱਲ ਕਰੀ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਪਿੰਡ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਇਸ ਪੰਚਾਇਤ ਘਰ ਦੇ ਉੱਪਰ ਲਗਾਏ ਨੇ। ਸਰਕਾਰ ਦੇ ਵੱਲੋਂ ਜੋ ਫੰਡ ਆਇਆ ਸੀ ਪਹਿਲੀਆਂ ਸਰਕਾਰਾਂ ਦੇ ਵੱਲੋਂ ਉਹ ਫੰਡ ਵੱਖਰਾ ਸੀ, ਪਰ ਅਸੀਂ ਪਿੰਡ ਦੇ ਵਿੱਚੋਂ ਵੀ ਪੈਸੇ ਇਕੱਠੇ ਕਰਕੇ ਇਸ ਨੂੰ ਇੱਕ ਪੰਚਾਇਤ ਘਰ ਦਾ ਰੂਪ ਦਿੱਤਾ। ਬਾਈ ਨੌਜਵਾਨ ਨੂੰ ਕੱਲ ਜਿਹੜੀ ਘਟਨਾ ਵਾਪਰੀ ਤੁਹਾਡੇ ਪਿੰਡ ਦੇ ਵਿੱਚ ਉਸ ਬਾਰੇ ਜਾਣੂ? ਹਾਂਜੀ ਜਾਣੂ। ਕੀ ਲੱਗਦਾਗਾ ਪਿੰਡ ਦੇ ਲੋਕਾਂ ਨੇ ਇੰਨਾ ਮਾਣ ਸਨਮਾਨ ਦਿੱਤਾ ਤੇ ਉਹਨਾਂ ਨੇ ਤੁਹਾਨੂੰ ਮਾਣ ਸਨਮਾਨ ਦਾ ਜਵਾਬ ਦਿੱਤਾ ਐਮਐਲਏ ਨੇ? ਨਹੀਂ ਜੀ, ਅਸੀਂ ਮਤਾ ਹੀ ਪਤਾ ਸੀ ਕਾਰਵਾਈ 'ਚ ਵੀ ਅਸੀਂ ਜਗ੍ਹਾ ਦੇਣ ਨੂੰ ਇੱਥੇ ਵੀ ਤਿਆਰ ਸੀਗੇ ਜੀ, ਤੇ ਉਹਨਾਂ ਨੇ ਕੱਲ ਜੋ ਕੀਤਾ ਜੀ ਮਾੜਾ ਕੀਤਾ ਜੀ। ਉਹ ਸਰਪੰਚ ਸਾਹਿਬ ਅੰਦਰ ਬੈਠੇ ਨੇ, ਸਰਪੰਚ ਸਾਹਿਬ ਦੇ ਨਾਲ ਸਾਡੀ ਗੱਲਬਾਤ ਹੋਈ ਸੀ। ਸਰਪੰਚ ਸਾਹਿਬ ਨੂੰ ਕਾਫੀ ਜਿਹੜਾ ਕਿ ਭਾਵੁਕ ਵੀ ਹੋਏ ਨੇ ਰਾਤ ਸਾਡੇ ਕੋਲ ਬੈਠੇ। ਮੈਂ ਜੀ ਪੰਚਾਇਤ ਮੈਂਬਰ ਆ, ਮੈਂ ਵੀ ਪੰਚਾਇਤ 'ਚ ਹੀ ਹਾਂ ਜੀ। ਜ਼ਿਆਦਾ ਬੋਲ ਲਿਆ ਨਹੀਂ ਜੀ, ਬਾਕੀ ਇੱਧਰ ਵਿਊ ਲੈ ਲਓ ਜੀ ਇਹਨਾਂ ਦੇ। ਬਿਲਕੁਲ, ਤਾਂ ਇਹ ਜਿਹੜੀ ਅਸੀਂ ਮੁਲਾਕਾਤ ਇੱਥੇ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਇੱਥੇ ਹਰ ਇੱਕ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਬਾਬਾ ਕੱਲ ਜਿਹੜਾ ਕੁਝ ਵਾਪਰਿਆ ਇੱਥੇ, ਕੱਲ ਤੁਸੀਂ ਮੌਜੂਦ ਸੀ, ਇੱਥੇ ਹੈਗੇ ਸੀਗੇ? ਅਸੀਂ ਲੇਟ ਗਏ ਆ ਜੀ ਬਾਵਾ। ਹਾਂ, ਉਹ ਤਾਂ ਜਾਂਦਿਆਂ ਨੂੰ ਕੰਮ ਚੱਲੀ ਜਾਂਦਾ ਸੀਗਾ। ਉਹ ਕਹਿੰਦੇ ਵੀ ਅਸੀਂ ਉਹ ਛੋਟਾ ਕਰਨਾ ਹੈ, ਅਸੀਂ ਕਹਿੰਦੇ ਵੀ ਇਹ ਤਾਂ ਕੰਮ ਤੁਹਾਡਾ ਠੀਕ ਨਹੀਂ ਆ, ਤੁਸੀਂ ਇਹਨੂੰ ਇਹ ਤੋਂ ਵੱਡਾ ਬਣਾਓ। ਭਗਵੰਤ ਮਾਨ ਇੱਥੇ ਵਾਅਦਾ ਵੀ ਕਰਕੇ ਗਿਆ ਸੀ, ਕਹਿੰਦਾ ਮੈਂ 25 ਬਿਸਤਰਿਆਂ ਦਾ ਹਸਪਤਾਲ ਬਣਾਊਂ। ਇਹ ਵੀ ਸਟੇਜ ਤੇ ਬੋਲ ਕੇ ਗਿਆ ਸੀ। ਜੋ ਕੱਲ ਸਰਪੰਚ ਨੇ ਕਿਹਾ, ਕਹਿੰਦਾ ਇਹ ਕੀ ਕਰ ਰਹੇ ਹੋ, ਉਹ ਸਰਪੰਚ ਨੂੰ ਪੁੱਠਾ ਬੋਲਿਆ, ਕਹਿੰਦਾ ਤੇਰੇ ਮਾਰ ਕੇ ਲਫੇੜੇ ਤੈਨੂੰ ਅੰਦਰ ਛੱਡਿਆ ਹੋਵੇ ਤੈਨੂੰ ਫੇਰ ਪਤਾ ਲੱਗੇ। ਜਾਣੇ ਸਾਨੂੰ ਪਿੰਡ ਨੂੰ ਵਿਆਹ ਵਰਗਾ ਲੱਗਿਆ ਵੀ ਸਾਡੇ ਪਿੰਡ 'ਚ ਇਹੋ ਜਿਹਾ ਬੰਦਾ ਆਉਣਾ ਨਹੀਂ ਚਾਹੀਦਾ ਮੁੜ ਕੇ। ਬਾਈ ਇੰਨੀ ਗੱਲ ਹੀ ਸੁਣੀ ਆ ਜੀ। ਉਹ ਤਾਂ ਕਹਿੰਦੇ ਰਹਿੰਦੇ ਸੀਗੇ ਵੋਟਾਂ ਤੋਂ ਪਹਿਲਾਂ ਕਿ ਸਰਕਾਰ ਆ ਜਿਹੜੀ ਆ ਸੱਥਾਂ 'ਚੋਂ ਚੱਲਿਆ ਕਰੂਗੀ, ਆ ਲੋਕਾਂ ਨਾਲ ਅਸੀਂ ਗੱਲ ਆ ਕੇ ਕਰਿਆ ਕਰਾਂਗੇ, ਸਲਾਹ ਮਸ਼ਵਰੇ ਕਰਿਆ ਕਰਾਂਗੇ। ਤੁਹਾਡੇ ਨਾਲ ਕਰੀਏ ਗੱਲ ਸਲਾਹ? ਕੋਈ ਸਲਾਹ ਕਿਹਨੇ ਕਰਨੀ ਸੀਗੀ ਜੀ, ਸਾਡੇ ਤਾਂ ਹਸਮਾਂ ਪੈਰਾਂ ਨੂੰ ਪਾਉਂਦੇ ਆ, ਵੱਡਿਆਂ ਤੋਂ ਚੀਜ਼ਾਂ ਛੋਟੀਆਂ ਬਣਾਉਂਦੇ। ਅਸੀਂ 25 ਬਿਸਤਰਿਆਂ ਦਾ ਹਸਪਤਾਲ ਦੀ ਬਿੱਡ ਕਰਦੇ ਆ, ਉਹਨਾਂ ਨੇ ਉਹ ਵੀ ਚੱਕਣ ਦੀ ਕੋਸ਼ਿਸ਼ ਕਰਦੇ। ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਤੁਹਾਡੇ ਧੀਆਂ ਪੁੱਤਾਂ ਆਮ ਲੋਕਾਂ ਨਾਲ ਚੱਲਾਂਗੇ, 24 ਘੰਟੇ ਤੁਹਾਡੇ ਨਾਲ ਰਹਾਂਗੇ, ਨਾਲ ਸਾਡੇ ਕਿਹਨੇ ਰਹਿਣਾਗਾ? ਸਰਕਾਰ ਤਾਂ ਕੋਈ ਵੀ ਨਹੀਂ, ਇਹ ਤਾਂ ਮੌਕੇ ਤੇ ਹੀ ਆਓ ਛੱਡ ਕੱਢੀ ਸਾਧ ਵੇਚ ਤੇਰੇ ਮਗਰ ਤੂੰ ਕੌਣ ਮੈਂ ਕੌਣ। ਵੋਟਾਂ ਦਾ ਮਸਲਾ ਸੀਗਾ, ਉਹ ਐਂ ਕਹਿ ਕੇ ਲੈ ਲਈਆਂ। ਕੋਈ ਉਹਨਾਂ ਨੂੰ ਕੋਈ ਚੰਗਾ ਆਇਆ ਨਹੀਂ ਪ੍ਰੋਜੈਕਟ ਕਿਸੇ ਹਿਸਾਬ ਦਾ ਵੀ ਆਹ ਚੰਗਾ ਆਇਆ ਹੋਵੇ। ਉਹ ਕਹਿੰਦੇ ਸੀਗੇ ਅਸੀਂ 5 ਸਾਲਾਂ ਬਾਅਦ ਵੋਟ ਨਹੀਂ ਮੰਗਣਾ ਆਵਾਂਗੇ ਜੇਕਰ ਸਾਡਾ ਕੋਈ ਗਲਤ ਕੰਮ ਹੋਇਆ। ਹੁਣ ਆਉਣਗੇ ਵੋਟਾਂ ਮੰਗਣ, ਫਿਰ ਕੀ ਉਹਨਾਂ ਨੂੰ ਪੁੱਛੋਗੇ ਕੋਈ ਗੱਲ? ਤਾਂ ਪਿੰਡ 'ਚ ਵੀ ਨਹੀਂ ਵੜਨ ਦਿੰਦੇ ਜੀ ਇਹੋ ਜਿਹੇ ਬੰਦੇ ਨੂੰ ਵੀ ਸਾਡੇ ਪਿੰਡ 'ਚ ਖੁਸ਼ੀ ਆਵੇ। ਸਾਰਾ ਪਿੰਡ ਹੀ ਬਾਈਕਾਟ ਕਰੂਗਾ, ਵਾਢੋਂ ਲਾ ਉਹਨਾਂ ਦਾ। ਸਾਡਾ ਸਰਪੰਚ ਚੁਣਿਆ ਵਾ, ਸਾਰੇ ਪਿੰਡ ਦਾ ਚੁਣਿਆ ਵਾ। ਇਹ ਥੋੜ੍ਹਾ ਵੀ ਉਹਨੂੰ ਜਦੋਂ ਉਹਦੀ ਹੱਦ ਕਰ ਗਿਆ ਬਾਕੀ ਕੀ ਰਹਿ ਗਿਆ ਪਿੱਛੇ ਸਾਡੇ ਕੋਲੇ। ਅਸੀਂ ਨਹੀਂ ਇਹ ਚੀਜ਼ ਨੂੰ ਚੰਗਾ ਚਾਹੁੰਦੇ। ਅਸੀਂ ਗਾਹਾਂ ਨੂੰ ਇਹੋ ਜਿਹੇ ਬੰਦੇ ਨੂੰ ਮੱਥੇ ਵੀ ਨਹੀਂ ਲਾ ਕੇ ਰਾਜੀ। ਵੋਟ ਤਾਂ ਪਾਉਣੀ ਕੀ ਆ, ਪਿੰਡ ਹੀ ਨਹੀਂ ਪਾਉਂਦਾ ਸਾਡਾ ਸਾਰਾ। ਜੀ ਬਿਲਕੁਲ। ਬਾਬਾ ਜੀ ਤੁਸੀਂ ਪਤਾ ਹੋਊ ਤੁਹਾਨੂੰ ਘਟਨਾ ਬਾਰੇ? ਉਹ ਤਾਂ ਪਤਾ ਹੀ ਲੱਗ ਗਿਆ ਹੋਣਾ ਘਟਨਾ ਬਾਰੇ। ਲੱਗ ਹੀ ਗਿਆ ਜੀ। ਫਿਰ ਕੀ, ਜਿਵੇਂ ਬਾਬੇ ਨੇ ਕਿਹਾ ਸੀ ਤਾਂ ਪਿੰਡ ਦੇ ਵਿੱਚ ਨਹੀਂ ਵੜਨ ਦਿੰਦੇ ਤੁਸੀਂ, ਫਿਰ ਇਹ ਸਾਰੇ ਪਾਸੇ ਇੱਕੋ ਹੀ ਕਾਨੂੰਨ ਹੁਣ ਲਾਗੂ ਹੁੰਦਾ ਜੀ। ਹਾਂਜੀ, ਕੋਈ ਵੀ ਨਹੀਂ ਬੰਦਾ ਚਾਹੁੰਦਾ ਹੁੰਦਾ ਮਾੜੇ ਬੰਦੇ ਨੂੰ, ਕੋਈ ਵੀ ਨਹੀਂ ਚਾਹੁੰਦਾ ਹੁੰਦਾ। ਹਮੇਸ਼ਾ ਚੰਗੇ ਬੰਦੇ ਦੀ ਜਿੱਤ ਹੁੰਦੀ ਹੈਗੀ, ਉਸ ਨੂੰ ਚਾਹੁੰਦਾ ਅਗਲਾ। ਬਿਲਕੁਲ। ਹਾਂਜੀ, ਅਫਸੋਸ ਹੁੰਦਾ ਕਿ ਇੱਥੇ ਸਤਨਾਮ ਰਾਹੀ ਖੜੇ ਹੋਏ ਸੀ, ਚਰਨਜੀਤ ਚੰਨੀ ਖੜੇ ਹੋਏ ਸੀ, ਵੀ ਉਹਨਾਂ ਨੂੰ ਹੀ ਵੋਟ ਪਾ ਦਿੰਦੇ ਤੂੰ ਤਾਂ। ਇਹ ਤਾਂ ਮਗਰ ਤਾਂ ਪਛਤਾਉਂਦਾ ਹੀ ਆ ਜੀ ਅਗਲਾ। ਪਹਿਲਾਂ ਉਦੋਂ ਦੇਖਦਾ ਵੀ ਬਲਦਾ ਲਿਆਉਣਾ ਵੀ ਗਾਉਣੀ ਕਿੰਨੇ ਕੁ ਚੰਗੇ ਹੋਣਗੇ, ਪਰ ਐਂ ਨਹੀਂ ਪਤਾ ਸੀ ਵੀ ਉਦੋਂ ਵੀ ਛੰਦ ਨਿਕਲਿਆ। ਇਹ ਤਾਂ ਹੁਣ ਦੀਂਦਾ ਹੀ ਆ ਸਾਨੂੰ ਵੀ ਉਦੋਂ ਵੀ ਚੰਦ ਟੱਕਰੇ ਆ। ਉਹਨਾਂ ਨੂੰ ਕੋਈ ਜਾਣੇ ਚੰਗਾ ਨਹੀਂ ਕੰਮ ਹੋਇਆ ਇਹਨਾਂ ਤੋਂ ਅਜੇ ਤੱਕ। ਗਾਹਾਂ ਦੇਖੋ ਕੀ ਕਰਦੇ ਆ ਕੀ ਨਹੀਂ ਕਰਦੇ। ਆ ਗਿਆ ਬਦਲਾਅ? ਫਿਰ ਕੱਲ ਕਹਿੰਦੇ ਤੁਹਾਡੇ ਪਿੰਡ ਦੇ ਵਿੱਚ ਕਾਫੀ ਬਦਲਾਅ ਆ ਗਿਆ। ਤਾਂ ਪੂਰੇ ਦਰਜੇ ਦਾ ਹੀ ਆ ਗਿਆ ਜੀ, ਇਹ 'ਚ ਕੋਈ ਸ਼ੱਕ ਨਹੀਂ ਰਹੀ। ਉਹਨੂੰ ਪੁਲਿਸ ਲੈ ਕੇ ਨਿਕਲ ਗਈ, ਨਾਲ ਦੀ ਨਾਲ ਗੱਡੀਆਂ ਹੋਰ ਮੰਗਾ ਲਈਆਂ। ਨਹੀਂ ਤਾਂ ਉਹਨੂੰ ਸੋਧ ਦੇਵੇਂ ਕਹਿੰਦੀ ਅਸੀਂ ਸਮਾਨ ਪਾਉਂਦੇ ਜਿੰਨੇ ਜੋਗਰੇ ਸੀਗੇ, ਅਸੀਂ ਬਖਸ਼ਦੇ ਨਹੀਂ ਸੀਗੇ। ਇੱਕ ਬੰਦਾ ਕੱਲ ਤਾਂ ਸਾਨੂੰ ਹੱਥ ਬੰਨ੍ਹ ਕੇ ਵੋਟਾਂ ਮੰਗਦਾ ਮੇਰੀ ਮਦਦ ਕਰੋ, ਅਗਲੇ ਦਿਨ ਸਾਨੂੰ ਆ ਕੇ ਲਫੇੜੇ ਦਿਖਾਉਂਦਾ, ਕਹਿੰਦਾ ਤੁਹਾਨੂੰ ਜੇਲ੍ਹ 'ਚ ਸਿੱਟਿਆ ਹੋਵੇ, ਫਲਾਨਾ ਕਰਿਆ ਹੋਵੇ। ਉਹਨੂੰ ਅਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ? ਨਹੀਂ ਕਰਦੇ। ਬਿਲਕੁਲ। ਤਾਂ ਅਸੀਂ ਅੱਗੇ ਚੱਲਦੇ ਹਾਂ। ਇੱਧਰ ਕਾਫੀ ਸਾਡੇ ਨਾਲ ਜੁੜੇ ਹੋਏ ਨੇ ਬਜ਼ੁਰਗੋ। ਕਿੰਨੀ ਕੁ ਉਮਰ ਹੋ ਗਈ ਤੁਹਾਡੀ? ਅੱਜ ਇੱਥੇ ਬੈਠੇ ਹੋਗੇ, ਪਤਾ ਮਸਲੇ ਦਾ ਪੂਰੇ ਦਾ? ਨਹੀਂ ਜੀ, ਆਪਾਂ ਨੂੰ ਨਹੀਂ ਕੋਈ ਪਤਾ ਹੈ। ਅੱਜ ਇੱਥੇ ਸੱਦਿਆਗਾ ਤੁਹਾਨੂੰ, ਕਹਿੰਦੇ ਕਿ ਕੱਲ ਸਰਪੰਚ ਨੂੰ ਕਾਫੀ ਕੁਝ ਬੋਲ ਗਿਆ। ਸਰਪੰਚ ਨੂੰ ਬਹੁਤ ਕੁਝ ਬੋਲ ਗਿਆ ਜੀ, ਇਕੱਲੇ ਸਰਪੰਚ ਨੂੰ ਸਾਰੇ ਪਿੰਡ ਨੂੰ ਬੋਲ ਗਿਆ। ਸਾਨੂੰ ਬਹੁਤ ਮਾੜਾ ਬੰਦਾ ਇਹ, ਵੀ ਅਸੀਂ ਇਹਨੂੰ ਗਾਹਾਂ ਵਾਸਤੇ ਪਿੰਡ 'ਚ ਵੜਨ ਨਹੀਂ ਦਿੰਦੇ। ਬਸ ਆਪਣੀ ਉਮਰ ਦੇ ਵਿੱਚ ਕਦੇ ਦੇਖਿਆ ਸੀ ਇਹੋ ਜਿਹਾ ਕੁਝ ਐਮਐਲਏ ਵੱਲੋਂ ਸਰਪੰਚ ਨੂੰ ਬੋਲਿਆ ਗਿਆ ਹੋਵੇ? ਅਸੀਂ ਇਹੋ ਜਿਹਾ ਬੰਦਾ ਅੱਜ ਤੱਕ ਦੇਖਿਆ ਹੀ ਨਹੀਂ ਸੀ। ਇਹ ਕਹਿੰਦਾ ਸੀ ਵੀ ਬਦਲਾਓ ਕਰੂੰਗਾ। ਹੁਣ ਥਾਂ ਥਾਂ ਤਾਂ ਚੋਰੀਆਂ ਹੋਈ ਜਾਂਦੀਆਂ, ਥਾਂ ਥਾਂ ਕੋ ਜਿੱਥੇ ਮਰਜ਼ੀ ਲੁੱਟ ਖੋਹ ਹੋਈ ਜਾਂਦੀ ਆ। ਆ ਸਾਡੇ ਭੜਾਂ ਵਾਲੇ ਰਾਹ ਦੇ ਵਿੱਚ ਕੋਈ ਨਹੀਂ ਲੰਘਣਾ ਦਿੰਦਾ ਹੈ। ਇਹਦੇ ਰਾਜ ਦੇ ਵਿੱਚ ਬਦਲਾਓ ਹੋਇਆ ਵਾ। ਕੁਲਚਿਆਂ ਵਾਲੇ ਤੋਂ ਵੀ ਪੈਸੇ ਖੋਹੀ ਜਾਂਦੇ ਆ। ਕੁਲਚਿਆਂ ਵਾਲੇ ਤੋਂ ਵੀ? ਹਾਂ,
ਜਿਹੜਾ ਕੁਲਚੇ ਵਾਲਾ ਬੰਦਾ ਨਾ ਉਸ ਤੋਂ ਵੀ ਪੈਸੇ ਖੋਲੇ ਇਹਦੇ ਰਾਜ ਦੇ ਵਿੱਚ, ਜਿਹੜਾ ਕਹਿੰਦਾ ਸੀ ਵੀ ਬਦਲਾਅ ਹੋਊਗਾ, ਵੀ ਬਦਲਾਅ ਹੋਈ ਜਾਂਦਾ। ਹੁਣ ਇੱਥੋਂ ਘਰ ਤੱਕ ਜਾਣ ਦਾ ਕੋਈ ਪਤਾ ਨਹੀਂ ਵੀ ਜਾਣ ਦੇਊਗਾ ਕੋਈ ਕਿ ਨਾ ਜਾਣ ਦੇਊਗਾ। ਇੰਨਾ ਇਹ ਰਾਜ ਪੁੱਠਾ ਆਇਆ ਜਿੰਨਾ ਵੀ ਕਹਦੇ। ਅਸੀਂ ਇਹਨੂੰ ਗਾਹਾਂ ਵਾਸਤੇ ਪਿੰਡ 'ਚ ਨਹੀਂ ਵੜਨ ਦੇ, ਵੋਟ ਤਾਂ ਅਸੀਂ ਇਹਨੂੰ ਐਤਕੀ ਵੀ ਨਹੀਂ ਸੀ ਪਾਈ, ਅਸੀਂ ਤਾਂ ਹੋਰਾਂ ਲੋਕਾਂ ਨੇ ਪਾਈਆਂ ਜਾਣੀ ਦੀ, ਅਸੀਂ ਤਾਂ ਇਹਨੂੰ ਜ਼ਿੰਦਗੀ ਭਰ ਹੀ ਨਹੀਂ ਪਾਉਂਦੇ। ਇੰਨਾ ਰਾਜ ਇਹ ਪੁੱਠਾ ਸੀ। ਚੰਨੀ ਹੋਰੇ ਖੜੇ ਹੋਏ ਸੀ ਇੱਥੋਂ, ਚੰਨੀ ਹੋਰੇ ਹੋਏ ਸੀਗੇ। ਇਦੋਂ ਤਾਂ ਅਸੀਂ ਜੇ ਚੰਨੀ ਹੋਰਾਂ ਨੂੰ ਪਾਉਂਦੇ ਉਹ ਇਦੋਂ 100 ਗੁਣੇ ਚੰਗੇ ਸੀ। ਇਹਨਾਂ ਜਿੰਨਾ ਤਾਂ ਬੰਦਾ ਮਾੜਾ ਤਾਂ ਅਜੇ ਤੱਕ ਜੰਮਿਆ ਹੀ ਨਹੀਂ, ਹੋਰ ਤਾਂ ਕੀ ਹੈਗਾ। ਇਦੋਂ ਗਾਹਾਂ ਤਾਂ ਕੋਈ ਜੰਮੂਗਾ ਕੀ। ਅਸੀਂ ਤਾਂ ਬਾਹਲੇ ਵਿਰੁੱਧ ਹੋਏ ਬੈਠੇ ਹਾਂ। ਕੇਵਲਾਂ ਸਾਡੀਆਂ ਨਹੀਂ ਰਹਿੰਦੀਆਂ, ਹੋਰ ਕੁਛ ਸਾਡਾ ਨਹੀਂ ਰਹਿੰਦਾ ਹੈ। ਖੇਤਾਂ 'ਚੋਂ ਕੁੱਲ ਬੰਦੇ ਦੇ ਸਿੰਡੀਕੇਟ 'ਚ ਕਬਾਤੇ ਇਹਦੇ ਰਾਜ ਦੇ ਵਿੱਚ। ਕੁੱਲ ਬੰਦੇ ਨੇ ਲਿਆ ਕੇ ਘਰੀ ਆਪਦੇ ਭੋਰਾ ਘਰ ਹੈ ਉਹਨਾਂ ਦੇ ਵਿੱਚ ਲਿਆ ਕੇ ਸਿੰਡੀਕੇਟ ਲਾਈ ਬੈਠੇ ਆ। ਐਂ ਨਹੀਂ ਪਤਾ ਵੀ ਜਾਂਦਿਆਂ ਨੂੰ ਖੇਤ ਭਾਵੇਂ ਨੇ ਟੋਕੇ ਵੀ ਨਹੀਂ ਹੋਣੇ ਜਾਂ ਪਟਾਬ ਨਹੀਂ ਹੋਣਾ ਜਾਂ ਕੁਛ ਵੀ ਨਹੀਂ ਹੋਣਾ। ਕੋਈ ਰਾਜਾ ਬਾਬੂ ਨੂੰ ਜੇ ਕਿਤੇ ਜਾਹਾ ਉੱਥੇ ਥਾਣੇ 'ਚ ਉਹ ਕਹਿੰਦੇ ਨਾ ਤਰੋ, ਨਾ ਕਿਹਦਾ ਤਰ ਗਏ, ਅਸੀਂ ਤਾਂ ਉਦੋਂ ਪਏ ਹੁੰਦੇ। ਬਸ ਇੰਨਾ ਕੀ ਕੁਛ ਕਹਿਣ ਜਾਣਦੇ ਜੀ ਅਸੀਂ ਤਾਂ। ਪੈਸੇ ਪੂਸੇ ਤਾਂ ਨਹੀਂ ਜੇਬ 'ਚ ਰੱਖਦੇ ਤੁਸੀਂ, ਕਿਤੇ ਭੱਜਿਆ ਵੀ ਨਹੀਂ ਨਾ? ਅਸੀਂ ਡੱਕਾ ਨਹੀਂ ਰੱਖਦੇ ਨਾ, ਸਾਥੋਂ ਭੱਜਿਆ ਜਾਂਦਾ। ਸਾਥੋਂ ਕਰਮ ਨਹੀਂ ਤੁਰਨ ਦਿੰਦੇ, ਉਹਦੀ ਖੋਲਣਗੇ। ਸਾਨੂੰ ਤਾਂ ਕਰਮ ਨਹੀਂ ਤੁਰਨ ਦਿੰਦੇ, ਉਹਦੀ ਖੋਲਣਗੇ। ਆ ਸੋਟੀ ਰੱਖੀ ਆ, ਸੋਟੀ ਸਹਾਰਾ ਨਹੀਂ ਬਣਦੀ ਫਿਰ? ਉਹ ਸੋਟੀ ਕੁਛ ਨਹੀਂ, ਉਹਦੇ ਉਹਨਾਂ ਕੋਲੇ ਦਾਅ ਹੁੰਦੇ ਆ। ਇਹ ਸੋਟੀ ਤਾਂ ਸਾਨੂੰ ਪਰੇ ਹੀ ਸਿੱਟਣੀ ਪੈਂਦੀ ਆ। ਇਹ ਤਾਂ ਇਕੱਲਾ ਮਾੜਾ ਜਿਹਾ ਤੁਰਨ ਦੀ ਖਾਤਰ ਹੀ ਆ ਬਸ। ਪੈਸਾ ਪੂਸਾ ਨਹੀਂ ਕਿਸੇ ਕੋਲੇ ਛੱਡਦੇ। ਪੈਸੇ ਵਾਲੀ ਤਾਂ ਸਰਕਾਰ ਹੀ ਖਤਮ ਹੈ। ਪੈਸਿਆਂ ਨੂੰ ਤਾਂ ਫਿਰਦੇ ਆ। ਬਸ ਇੰਨਾ ਕੁਛ ਕਹਿਣੀ ਚਾਹੁੰਦੇ ਸੀ ਜੀ। ਤਾਂ ਅਸੀਂ ਅੱਗੇ ਚੱਲਦੇ ਹਾਂ ਇੱਧਰ। ਹਾਂਜੀ, SHO ਸਾਹਿਬ ਨਾਲ ਸੀਗੇ ਕੱਲ? ਤਾਂ ਇੱਧਰ ਪ੍ਰਸ਼ਾਸਨ ਵੀ ਬੈਠਾ ਸੀ। ਫਿਰ ਇਹਨਾਂ ਲੋਕਾਂ ਕੋਲ ਆਉਣੇ ਆ, ਸਾਡੇ ਕੋਲ ਮੌਜੂਦ ਆ, ਅਸੀਂ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਾਂਗੇ। SHO ਸਾਹਿਬ ਤੁਸੀਂ ਕੱਲ ਨਾਲ ਸੀਗੇ ਜਿਹੜੀ ਘਟਨਾ ਵਾਪਰੀ ਆ, ਇੱਥੇ ਹੋਇਆ ਜੋ ਕੁਝ ਹੋਇਆ, ਤੁਸੀਂ ਕੱਲ ਨਾਲ ਸੀਗੇ? ਹਾਂਜੀ, ਜਿਹੜਾ ਇੱਥੇ ਕੱਲ ਵਿਧਾਇਕ ਦੇ ਨਹੀਂ, ਆਪਾਂ ਵੀ ਗੱਲ ਬਹੁਤ ਬਾਹਲੀ ਜ਼ਰੂਰੀ ਆ ਗੱਲ ਜਿਹੜੀ ਆਪਾਂ ਕਰ ਰਹੇ ਹਾਂ, ਲੋਕਾਂ ਦੀ ਮਸਲਾ ਹੈਗਾ। 9763 ਜੀ 95486। ਅੱਛਾ, ਨੰਬਰ ਲਿਖਾ ਰਹੇ ਨੇ SHO ਸਾਹਿਬ। ਅਸੀਂ ਕੋਈ ਨਹੀਂ, ਇੱਥੇ ਖੜੇ ਆ, ਗੱਲਬਾਤ ਕਰਾਂਗੇ SHO ਸਾਹਿਬ ਦੇ ਨਾਲ। ਇੱਧਰ ਕੁਲਦੀਪ ਮਗਰਲੇ ਪਾਸੇ ਦਿਖਾ ਦੇ, ਮਾੜਾ ਜਿਹਾ ਕੈਮਰਾ ਦਿਖਾ ਦੇ। ਮਗਰਲੇ ਪਾਸੇ ਲੋਕ ਖੜੇ ਨੇ, ਲੋਕ ਨੇ ਦੱਸਿਆ ਗਾ ਕਿ SHO ਸਾਹਿਬ ਨਾਲ ਸੀਗੇ। ਤੁਸੀਂ ਵੀ ਨਾਲ ਹੋਵੋਗੇ, ਮੁਲਾਜ਼ਮ ਹੋ ਤੁਸੀਂ ਇੱਥੋਂ ਥਾਣੇ 'ਚ? ਤੁਸੀਂ ਕੱਲ ਜੋ ਇੱਥੇ ਵਾਪਰਿਆ ਉਹਦੇ ਦੇਖਿਆ ਹੋਣਾ ਤੁਸੀਂ ਸਾਰਾ ਕੁਛ, ਕੀ ਕੁਛ ਹੋਇਆ ਇੱਥੇ? ਉਹ ਤਾਂ ਰੁਕਾਵਟ ਆਉਂਦੇ ਸੀ, ਹੋਰ ਤਾਂ ਕੀ ਦੇਖਿਆ ਸਰ। ਕੌਣ ਰੁਕਾਵਟ ਪਾਉਂਦੇ ਸੀ? ਆਪਣੇ ਪਬਲਿਕ ਹੀ। ਪਬਲਿਕ ਇੱਥੇ ਇਕੱਠੀ ਹੋਈ ਆ। ਪਬਲਿਕ ਕਹਿੰਦੇ ਵੀ ਸਾਨੂੰ ਚਾਹੀਦੀ ਨਹੀਂ ਮੁਹੱਲਾ ਕਲੀਨਿਕ, ਸਾਡੇ ਤੇ ਧੱਕੇ ਨਾਲ ਥੋਪੇ ਜਾ ਰਹੇ ਨੇ। ਪਿੰਡ ਦਾ ਕੰਮ ਹੈ ਸਰ, ਇਹਨਾਂ ਦਾ ਵੀ ਚਾਹੀਦਾ ਜਾਂ ਨਹੀਂ ਚਾਹੀਦਾ ਸਰ। ਠੀਕ ਹੈ ਜੀ। SHO ਸਾਹਿਬ ਕਿਸੇ ਨਾਲ ਵੱਡੇ ਅਫਸਰ ਨਾਲ ਲੱਗੇ ਨੇ ਜਾਂ ਕੋਈ ਪਰਸਨਲ ਗੱਲ ਕਰ ਰਹੇ ਨੇ? ਮਾਨਸਾ ਡਿਪਟੀ ਸਾਹਿਬ ਦੇ ਨਾਲ ਗੱਲ ਚੱਲਦੀ ਹੈ ਜੀ। ਉਹਨਾਂ ਨੇ ਕਹਿੰਦੇ ਇੱਥੇ ਕੋਈ ਕੰਮ ਸੀ ਉਹਨਾਂ ਦਾ ਜ਼ਰੂਰੀ, ਉਹਨਾਂ ਡਿਊਟੀ ਮੇਰੀ ਲਾਈ ਸੀ ਯਾਰ, ਮੇਰਾ ਨੰਬਰ ਦਿੱਤਾ ਉਹਨਾਂ ਨੇ ਸਰ। ਬਈ ਤੁਸੀਂ ਵੀ ਨਾਲ ਸੀ ਕੱਲ? ਨਾਲ ਨਹੀਂ ਸੀਗੇ? ਥਾਣੇ 'ਚ ਸੀ ਤੁਸੀਂ? ਨਹੀਂ, ਮੈਂ ਤਾਂ ਜੀ ਬਾਹਰ ਆਊਟ ਸਟੇਸ਼ਨ ਹੀ। ਅੱਛਾ, ਆਊਟ ਸਟੇਸ਼ਨ ਸੀ। ਤਾਂ ਇੱਥੇ ਹੋਰ ਵੀ ਮੁਲਾਜ਼ਮ ਖੜੇ ਨੇ। ਬਾਈ ਤੁਸੀਂ ਤਾਂ ਨਹੀਂ ਨਾਲ? ਤੁਸੀਂ ਤਾਂ ਨਹੀਂ ਸੀ ਨਾਲ? ਵੀ ਦੱਸ ਸਕਦੇ ਸਾਡੇ। ਹਾਂਜੀ, ਨਾ ਸਾਡੇ ਤਾਂ ਡਿਊਟੀਆਂ ਲੱਗੀਆਂ ਹੋਈਆਂ ਬਾਹਰ। ਨਹੀਂ, ਤੁਸੀਂ ਇੱਥੇ ਪਿੰਡ 'ਚ ਸੀ ਜਾਂ ਬਾਹਰ ਸੀ ਕਿਤੇ? ਬਸ ਬਾਹਰ ਸਾਡੀਆਂ ਡਿਊਟੀਆਂ ਲੱਗੀਆਂ, ਬਾਹਰ ਡਿਊਟੀਆਂ ਲੱਗੀਆਂ ਨੇ, ਉਹ ਕਰਕੇ ਜਾਣਾ ਪੈਂਦਾ। ਸਾਰੇ ਡਿਊਟੀਆਂ ਅਲੱਗ-ਅਲੱਗ। ਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ SHO ਸਾਹਿਬ ਦੇ ਨਾਲ ਅਸੀਂ ਗੱਲ ਕਰਨੀ ਚਾਹੀ, ਤਾਂ ਹੁਣ ਦੇਖਦੇ ਆਂਗੇ ਕਿ ਸਾਡੇ ਨਾਲ ਗੱਲ ਕਰਨਗੇ ਜਾਂ ਨਹੀਂ ਕਰਨਗੇ। ਤਾਂ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਮੁੱਦੇ ਦੀ ਤਹਿ ਤੱਕ ਜਾਇਆ ਜਾਵੇ, ਕਿਉਂਕਿ ਇੱਥੇ ਸਾਨੂੰ ਬਜ਼ੁਰਗਾਂ ਨੇ ਦੱਸਿਆ ਕਿ ਇੱਥੇ ਚੋਰੀਆਂ ਵੀ ਬਹੁਤ ਹੁੰਦੀਆਂ ਨੇ, ਸਾਡੀਆਂ ਕੇਬਲਾਂ ਲਾਈਆਂ ਜਾਂਦੀਆਂ ਨੇ, ਸਾਡੇ ਸਿੰਡੀਕੇਟ ਚੱਕੇ ਜਾਂਦੇ ਨੇ, ਸਾਡੇ ਜੇਬਾਂ ਦੇ ਵਿੱਚ ਅਸੀਂ ਪੈਸੇ ਰੱਖਣੋਂ ਹਟ ਗਏ ਹਾਂ ਕਿ ਸਦਰੇ ਤੋਂ ਭੱਜਾ ਨਹੀਂ ਜਾਣਾ। ਤਾਂ ਅਸੀਂ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ। SHO ਸਾਹਿਬ ਹਜੇ ਬਿਜੀ ਨੇ। ਕੁਲਦੀਪ ਉਹ ਤਸਵੀਰ ਦਿਖਾ ਦਿਓ, ਉੱਧਰ ਫੋਨ ਤੇ ਲੱਗੇ ਹੋਏ ਨੇ SHO ਸਾਹਿਬ, ਉਹ ਬਿਜੀ ਨੇ ਹਲੇ। ਤਾਂ ਅਸੀਂ ਇੱਧਰਲੇ ਪਾਸੇ ਗੱਲਬਾਤ ਕਰ ਲਈਏ ਲੋਕਾਂ ਦੇ ਨਾਲ। ਉਹਨਾਂ ਟਾਈਮ ਅੱਜ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਸਾਰਿਆਂ ਦੇ ਨਾਲ ਹੀ ਕਰਾਂਗੇ। ਗਰਾਊਂਡ ਜ਼ੀਰੋ 'ਤੇ ਰਿਪੋਰਟਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਗਰਾਊਂਡ ਜ਼ੀਰੋ ਤੋਂ ਅਸੀਂ ਮੁਲਾਕਾਤ ਆ ਜਿਹੜੀ ਲੋਕਾਂ ਦੇ ਨਾਲ ਕਰ ਰਹੇ ਹਾਂ ਕਿ ਕੀ ਵਾਪਰਿਆ। ਬਾਬਾ ਕੱਲ੍ਹ ਕੀ ਵਾਪਰਿਆ ਇੱਥੇ ਪਿੰਡ ਦੇ ਵਿੱਚ ਪਤਾ? ਕੱਲ੍ਹ ਜੀ ਸਹਿਣਾ ਪਿੰਡ ਦੇ ਅੰਦਰ ਜਿਹੜੀ ਇਹ ਮੁਹੱਲਾ ਕਲੀਨਿਕ ਦਾ ਜੋ ਉਦਘਾਟਨ ਹੋਇਆ, ਅਸੀਂ ਇੱਥੇ ਬਾਜ਼ਾਰ 'ਚ ਇਹ ਵੀਡੀਓ ਵਗੈਰਾ ਜੋ ਪੰਚਾਇਤ ਨੇ ਧਰਨਾ ਲਾਇਆ ਸੀਗਾ, ਉਸ ਤੋਂ ਬਾਅਦ ਗਏ ਅਸੀਂ ਉੱਥੇ। ਪ੍ਰਸ਼ਾਸਨ ਵੀ ਦਾ ਬੰਦੋਬਸਤ ਬਹੁਤ ਸੀਗਾ ਅਤੇ ਉਸ ਤੋਂ ਬਾਅਦ ਅੰਦਰ ਵੀ ਜਾ ਕੇ ਆਏ। ਅਸੀਂ ਆਖਿਆ ਵੀ ਠੀਕ ਆ, ਦੇਖੋ ਕਿਹੜੀਆਂ ਇਹਨਾਂ ਨੇ ਮਸ਼ੀਨਾਂ ਲਾਈਆਂ। ਅਤੇ ਇਹ MLA ਸਾਹਿਬ ਨਾਲ ਜੋ ਵੀਡੀਓ ਆਈ, ਉਹ ਵੀਡੀਓ 'ਤੇ ਅਸੀਂ ਦੇਖਿਆ, ਮੌਕੇ 'ਤੇ ਅਸੀਂ ਨਹੀਂ ਸੀਗੇ, ਪਰ ਅੰਦਰ ਕੋਈ ਸਾਨੂੰ ਮਸ਼ੀਨ ਦਿਖਾਈ ਗਈ ਨਹੀਂ। ਜੋ
ਜੇ ਮੰਤਰੀ ਸਾਹਿਬ ਪਬਲਿਕ ਨੇ ਬਣਾਇਆ, ਜੋ ਉਹਨਾਂ ਨੇ ਕਿਹਾ ਵੀ ਅਸੀਂ ਥੱਪੜ ਮਾਰਾਂਗੇ, ਅਸੀਂ ਇਹਦਾ ਵਿਰੋਧ ਕਰਦੇ ਹਾਂ ਪਿੰਡ ਵੱਲੋਂ, ਜੋ ਕਿ ਇਹ ਮਾਨਵ ਅਧਿਕਾਰਾਂ ਦਾ ਹੰਨਣਾ, ਧਰਨਾ ਲਾਉਣਾ ਹਰੇਕ ਮਨੁੱਖ ਦਾ ਆਵਾਜ਼ ਉਠਾਉਣ ਦਾ ਉਹਦਾ ਹੱਕ ਆ, ਉਹਨੂੰ ਦਬਾਇਆ ਨਾ ਜਾਵੇ, ਜੋ ਕਿ ਪਬਲਿਕ ਦੇ ਅੰਦਰ ਹਰੇਕ ਬੰਦਾ ਆਪ ਬੋਲ ਸਕੇ। ਬਾਕੀ ਪਿੰਡ ਦਾ ਇਹ ਆ ਵੀ ਵੱਡਾ ਪਿੰਡ ਆ ਸਾਡਾ, ਆਬਾਦੀ ਵਾਲਾ ਹੈ, ਜੋ ਇਹਨਾਂ ਦੀ ਮੰਗ ਸੀ ਵੀ ਇਹਨੂੰ ਵੱਡਾ ਕੀਤਾ ਜਾਵੇ, ਨਾ ਕਿ ਛੋਟਾ ਕੀਤਾ ਜਾਵੇ। ਤਾਂ ਅਸੀਂ ਅੱਗੇ ਚੱਲਦੇ ਹਾਂ। ਆਹ ਨੌਜਵਾਨ ਬੈਠੇ ਨੇ ਬਈ, ਸਰਪੰਚ ਦੀ ਸਪੋਰਟ 'ਚ ਆਏ ਹੋ? ਹਾਂਜੀ ਬਿਲਕੁਲ ਬਾਈ, ਤੇ ਕੱਲ ਜੋ ਵੀ ਵਾਪਰਿਆ ਤੁਹਾਨੂੰ ਪਤਾ ਹੀ ਹੈ, ਸਾਰੇ ਵਾਇਰਲ ਹੋ ਚੁੱਕਿਆ ਹੈਗਾ, ਤੇ ਆਪਾਂ ਦੇਖ ਸਕਦੇ ਹਾਂ ਵੀ ਸਰਪੰਚ ਸਾਹਿਬ ਕਿੰਨੀ ਰਿਸਪੈਕਟ ਨਾਲ ਗੱਲ ਕਰ ਰਹੇ ਨੇ, ਤੇ ਉਹਦਾ ਮੋੜਵਾਂ ਜਵਾਬ ਕੀ ਮਿਲ ਰਿਹਾ ਤੁਹਾਨੂੰ ਪਤਾ ਹੀ ਆ ਵੀ 4 ਲਫੇੜੇ ਮਾਰ ਕੇ ਅੰਦਰ ਸੁੱਟ ਦਿੱਤਾ ਜਾਊਗਾ। ਇਹ ਬਹੁਤ ਸਰਾਸਰ ਗਲਤ ਆ, ਉੱਦਾਂ ਹੀ ਪਤਾ ਵੀ ਇੱਦਾਂ ਬੋਲਣਾ ਬਹੁਤ ਗਲਤ ਆ, ਤੇ ਜੇ ਮੂਹਰੋਂ ਕੋਈ ਰਿਸਪੈਕਟ ਨਾਲ ਗੱਲ ਕਰਦਾ ਉਹਦੇ ਨਾਲ ਰਿਸਪੈਕਟ ਨਾਲ ਗੱਲ ਕਰੋ। ਚਾਹੁੰਦੇ ਹੋ ਇੱਥੇ ਮੁਹੱਲਾ ਕਲੀਨਿਕ ਬਣੇ? ਨਹੀਂ ਵੀਰੇ, ਦੇਖੋ ਸਾਡੇ ਪਿੰਡ ਦੀ ਆਬਾਦੀ ਬਹੁਤ ਜ਼ਿਆਦਾ ਹੈਗੀ, ਯਾਨੀ ਕਿ 10-12 ਹਜ਼ਾਰ ਤਾਂ ਵੋਟ ਹੀ ਆ, ਤੇ ਹਾਂ ਬਣ ਜੇ, ਬਟ ਉਹ ਹਸਪਤਾਲ ਨੂੰ ਨਾ ਮਤਲਬ ਡੀਗ੍ਰੇਡ ਕੀਤਾ ਜਾਵੇ, ਉਹ ਉੱਦਾਂ ਹੀ ਚੱਲਣ ਦਿੱਤਾ ਜਾਵੇ, ਸਾਈਡ ਤੇ ਬਣ ਜੇ। ਕਿੱਥੇ ਤਾਂ ਅਪਗ੍ਰੇਡ ਕਰਨ ਦੀ ਬਜਾਏ ਉਹਨੂੰ ਛੋਟਾ ਕਰ ਰਹੇ ਆ, ਤੇ ਜਿਹੜੇ ਹੁਣ ਗਰੀਬ ਮਜ਼ਦੂਰ ਲੋਕ ਆ ਉਹ ਕਿੱਥੇ ਜਾਣਗੇ ਬਾਈ ਯਾਰ। ਬਿਲਕੁਲ ਹਾਂਜੀ। ਹਾਂ ਤਾਂ ਅੱਗੇ ਚੱਲਦੇ ਹਾਂ। ਬਜ਼ੁਰਗੋ, ਕਿੰਨੀ ਕੁ ਉਮਰ ਹੋ ਗਈ? ਦੇਖਿਆ ਪਹਿਲਾਂ ਇਹੋ ਜਿਹਾ ਐਮਐਲਏ ਜਿਹੜਾ ਕਹਿੰਦਾ ਸਰਪੰਚ ਨੂੰ ਵੀ ਮੈਂ ਥੱਪੜ ਮਾਰ ਦੂੰ? ਮੈਂ ਨਹੀਂ ਦੇਖਿਆ, ਉਹ ਨਹੀਂ ਸੀਗਾ, ਜੇ ਮੈਂ ਕੋਲੇ ਹੁੰਦਾ ਫਿਰ ਦੱਸ ਦਿੰਦਾ। ਨਹੀਂ ਪਹਿਲਾਂ ਤੁਸੀਂ ਆਪਦੀ ਉਮਰ 'ਚ ਦੇਖਿਆ ਹੋਵੇ ਇਹ? ਤਾਂ ਹੀ ਕੋਈ ਐਮਐਲਏ ਨਹੀਂ ਦੇਖਿਆ ਇਹ ਜਿਹਾ, ਪਰ ਮੈਂ ਕੋਲੇ ਨਹੀਂ ਸੀ ਵੀ ਕੀ ਗੱਲ ਹੋਈ ਹੈ, ਇਹ ਗੱਲ ਦਾ ਨਹੀਂ ਪਤਾ ਮੈਨੂੰ। ਤੁਸੀਂ ਦੇਖਿਆ ਬਜ਼ੁਰਗੋ, ਕਿੰਨੀ ਉਮਰ ਹੋ ਗਈ ਇਹੋ ਜਿਹਾ ਐਮਐਲਏ ਪਹਿਲਾਂ ਉਹਦੀ ਉਮਰ 'ਚ ਦੇਖਿਆ ਹੋਵੇ ਜਿਹੜਾ ਕਹਿੰਦਾ ਹੋਵੇ ਵੀ ਮੈਂ ਸਰਪੰਚ ਦੀ ਥੱਪੜ ਮਾਰੂ? ਮੈਂ ਤਾਂ ਕੱਲ ਖੇਤ ਸੀਗਾ। ਨਹੀਂ ਤੁਸੀਂ ਆਪਦੀ ਉਮਰ 'ਚ ਪਹਿਲਾਂ ਦੇਖਿਆ ਹੋਵੇ, ਕੋਈ ਬਾਦਲਾਂ ਵੇਲੇ ਦੇਖਿਆ ਹੋਵੇ ਜਾਂ ਕੈਪਟਨਾਂ ਵੇਲੇ ਦੇਖਿਆ ਹੋਵੇ? ਨਾ ਉਮਰ ਹਾਂ 73 ਸਾਲ ਹੈ। ਇਹੋ ਜਿਹਾ ਮੈਂਬਰ ਵੀ ਨਹੀਂ ਦੇਖਿਆ ਕੋਈ। ਹਾਂਜੀ, ਮੈਂਬਰ ਵੀ ਨਹੀਂ ਦੇਖਿਆ, ਐਮਐਲਏ ਦਾ ਕੀ ਦੇਖਣਾ ਸੀ? ਜਿਵੇਂ ਉਹ ਬੋਲਿਆ ਇੰਨੀਆਂ ਬੁੜੀਆਂ ਤੇ ਇਹੋ ਜਿਹਾ ਬੋਲਿਆ ਇਹਨੂੰ ਸਰਪੰਚ ਨੂੰ, ਹਲਕ ਨਹੀਂ ਸਾਡੇ ਪਿੰਡ ਦੀ, ਹਲਕਾ ਪਿੰਡ ਨੂੰ ਹੀ ਬੋਲ ਗਿਆ ਉਹ। ਮੈਂਬਰ ਕਹਿੰਦਾ ਸਾਡੀਆਂ ਵੋਟਾਂ ਪਾਇਆ, ਆਹ ਦਿੱਤਾ ਉਹਨੇ ਫਲ। ਕਹਿੰਦੇ ਸਰਪੰਚ ਦਾ ਪਿੰਡ ਦੀ ਪੱਗ ਹੁੰਦੇ ਨੇ। ਹਾਂ ਫਿਰ ਸਾਡੀ ਤਾਂ ਪੱਗ ਉਹ ਸਿੱਟ ਗਿਆ ਪੈਰਾਂ 'ਚ ਉਹਦੇ, ਸਾਡਾ ਕੀ ਰਹਿ ਗਿਆ ਹੁਣ ਇੱਥੇ? ਕਿੱਥੇ ਭਗਵੰਤ ਮਾਨ ਕਹਿੰਦਾ ਸੀ ਮੈਂ ਬਣਾ ਦੂੰ, ਐਂ ਬਣਾ ਦੂੰ, ਸਾਡਾ ਕੀ ਸੁਣ ਲੈਣ? ਆਮ ਆਦਮੀ ਦੀ ਕਹਿੰਦਾ ਸੀ ਕੀ ਸਾਡਾ ਕਰ ਗਏ ਇਹ? ਕਿੱਥੇ ਜਾਵਾਂਗੇ ਅਸੀਂ ਦਵਾਈ ਬੂਟੀ ਲੈਣ? ਹਿਸਾਬ ਲਾਓ ਤੁਸੀਂ, ਅਸੀਂ ਕਿੱਥੇ ਜਾਵਾਂਗੇ? ਐਡਾ ਪਿੰਡ ਆ ਸਾਡਾ, ਕਿੱਥੇ ਲਾਵਾਂ ਪਿੰਡਾਂ ਦੇ ਵੀ ਇੱਥੇ ਆਉਂਦੇ 12-13 ਪਿੰਡਾਂ ਦੇ, ਕਿਤੇ ਬੁਰਜ ਬਣਾਉਂਦੇ ਜਾਂ ਢਿਲਵੀਂ ਬਣਾਉਂਦੇ, ਮੌੜੀ ਬਣਾਉਂਦੇ, ਇੱਥੇ ਲੀਲੋ ਕੋਠੀ ਬਣਾਉਂਦੇ, ਉਹ ਕੋਠੇ ਸੀ ਉੱਥੇ ਬਣਾਉਂਦੇ। ਹਾਂ ਉਹ ਬਣੀ ਬਣਾਈ ਆਹ ਜਗ੍ਹਾ ਕਿਹੋ ਜਿਹੀ ਇੱਥੇ ਬਣਾਉਂਦੇ, ਜੋ ਸਰਪੰਚ ਕਹਿੰਦਾ ਵੀ ਤੈਨੂੰ ਅਸੀਂ ਥਾਂ ਦਿੰਦੇ ਹਾਂ, ਜਗ੍ਹਾ ਦਿੰਦੇ ਹਾਂ, ਚਾਹ ਪਾਣੀ ਵੀ ਦਿਆ ਕਰਾਂਗੇ, ਸਾਰਾ ਕੁਝ ਦੇਵਾਂਗੇ, ਵੀ ਇੱਥੇ ਬਣਾਓ ਜਿੱਥੇ ਮਰਜ਼ੀ। ਧੱਕੇ ਨਾਲ ਬਣਾ ਕੇ ਗਏ ਆ। ਧੱਕੇ ਨਾਲ ਬਣਾ ਕੇ? ਧੱਕੇ ਨਾਲ ਹੀ ਬਣਾਇਆ ਜੀ, ਹੋਰ ਕੀ ਆ? ਕਹਿੰਦੇ ਅੰਦਰ ਨਹੀਂ ਵੜਨ ਦਿੱਤਾ? ਨਾ ਕਿਸੇ ਨੂੰ ਨਹੀਂ ਬਣ ਦਿੱਤਾ। ਹੋਰ ਤੁਸੀਂ ਦੇਖਿਆ ਹੀ ਇਹ ਬੋਲਣਾ ਨਹੀਂ ਹੈਗਾ ਤੁਸੀਂ ਬਈ? ਅਸੀਂ ਇਕੱਲੇ ਬੰਦੇ ਨੂੰ ਪੁੱਛ ਰਹੇ ਹਾਂ ਤਾਂ ਕਿ ਕਿਸੇ ਦੇ ਦਿਲ ਦੇ ਵਿੱਚ ਗਿਲਾ ਨਾ ਰਹੇ ਕਿ ਸਾਡੇ ਲੀਡਰ ਨੂੰ ਮਾੜਾ ਕਹਿ ਗਏ ਜਾਂ ਸਾਡੇ ਲੀਡਰ ਦੇ ਬਾਰੇ ਦੂਜੇ ਲੋਕਾਂ ਨੂੰ ਪੁੱਛ ਗਏ। ਤੁਸੀਂ ਬੋਲਣਾ ਜੀ ਕੁਛ? ਕੀ ਲੱਗਦਾ ਕੀ ਆ ਕੱਲ ਜਿਹੜਾ ਕੁਛ ਹੋਇਆ ਇੱਥੇ ਪਿੰਡ 'ਚ? ਪਿੰਡ 'ਚ ਤਾਂ ਕੱਲ ਬਹੁਤ ਉਹ ਜਿਹੜਾ ਐਮਐਲਏ ਸੀ ਬਹੁਤ ਗਲਤ ਬੋਲ ਕੇ ਗਿਆ। ਐਡਾ ਐਮਐਲਏ ਮਾੜਾ ਸਾਨੂੰ ਅੱਜ ਤਾਈਂ ਨਹੀਂ ਮਿਲਿਆ ਹੈ। ਅੱਜ ਨਾ ਹੁਣ ਅਸੀਂ ਉਹ ਪਿੰਡ 'ਚ ਵੜਨ ਦੇਣਾਗਾ। ਸਰਪੰਚ ਨੂੰ ਸਾਡੇ ਨੂੰ ਇਹੋ ਜਿਹਾ ਸਰਪੰਚ ਆ ਬਹੁਤ ਵੱਧ ਕੇ ਬਹੁਤ ਗਲਤ ਬੋਲ ਗਿਆ। ਇਹ ਜੇ ਐਮਐਲਏ ਤੋਂ ਤਾਂ ਅਸੀਂ ਬਿਨਾਂ ਹੀ ਚੰਗੇ ਆ। ਸਾਨੂੰ ਕਹਿੰਦਾ ਵੀ 13 ਮੰਜੇ ਦਾ ਹਸਪਤਾਲ ਦੇਵਾਂਗੇ ਸਾਨੂੰ। ਹੁਣ ਜਿਹੜਾ ਸਾਡਾ ਹੈਗਾ ਜਿੰਨਾ ਕੁ ਉਹ ਵੀ ਚੱਕੀ ਜਾਂਦਾ, ਕਹਿੰਦਾ ਮੈਂ ਇਹ ਵੀ ਚੱਕ ਨੂੰ, ਉਹਦਾ ਕੀ ਦੇਣਾ ਜੀ, ਕੁਛ ਹੋਰ ਹੀ ਬਣਾਈ ਜਾਂਦਾ। ਮੈਨੂੰ ਤਾਂ ਪਤਾ ਲੱਗਦਾ ਵੀ ਕੀ ਬਣਾਉਂਦਾ, ਕੋਈ ਦੁਕਾਨ ਬਣਾਉਂਦਾ, ਕੀ ਬਣਾਉਂਦਾ। ਇਹਨੂੰ ਕਹਿੰਦੇ ਵੀ ਗਾਹਾਂ ਨੂੰ ਸਾਡੇ ਪਿੰਡ 'ਚ ਨਾ ਵੜੇ, ਬਸ ਅਸੀਂ ਤਾਂ ਇਹ ਤੋਂ ਬਿਨਾਂ ਹੀ ਚੰਗੇ ਆ। ਕਹਿ ਦਈਏ ਵੀ ਗਾਹਾਂ ਨੂੰ ਨਾ ਵੜੇ ਸਹਿਣੇ 'ਚ? ਕਹਿੰਦੇ ਵੀ ਸਾਡੇ ਪਿੰਡ 'ਚ ਨਾ ਵੜੇ ਐਮਐਲਏ, ਅਸੀਂ ਤਾਂ ਇਹ ਤੋਂ ਬਿਨਾਂ ਹੀ ਚੰਗੇ ਆਂਗੇ। ਬਸ ਸਾਡੇ ਸਰਪੰਚ ਨੂੰ ਬਹੁਤ ਗਲਤ ਬੋਲ ਕੇ ਗਿਆ ਹੈ। ਪਛਤਾਉਣੇ ਹੋ ਹੁਣ? ਪਛਤਾਉਣੇ ਹੋ ਵੀ ਜਾਂ ਬਾਦਲਾਂ ਨੂੰ ਹੀ ਵੋਟ ਪਾ ਕੇ ਜਿਤਾ ਦਿੰਦੇ ਜਾਂ ਚੰਨੀ ਵਰਗਿਆਂ ਨੂੰ ਜਿਤਾ ਦਿੰਦੇ? ਅਸੀਂ ਤਾਂ ਜਮਾ ਪਛਤਾਉਨੇ ਆ। ਸਾਨੂੰ ਤਾਂ ਪਤਾ ਨਹੀਂ ਸੀ ਵੀ ਅਸੀਂ ਤਾਂ ਕਿ ਵੀ ਗਰੀਬ ਘਰ ਦਾ ਪੁੱਤਾ ਚੱਲ ਬਣਾ ਦਿੰਨੇ ਆ। ਇਹਨੂੰ ਤਾਂ ਸਹੁਰੇ ਨੂੰ ਜਮਾ ਹੀ ਮੱਤ ਨਹੀਂ, ਨਾ ਸੂਹਾਂ ਨਾ ਸੱਪਾਂ। ਇਹਨੇ ਤਾਂ ਬਹੁਤ ਗਲਤ ਬੋਲ ਕੇ ਗਿਆ ਸਾਡੇ ਪਿੰਡ 'ਚ, ਨਜਾਇਜ਼ ਜੀ। ਇਦੋਂ ਮੁੜ ਕੇ ਮੈਂ ਤੁਹਾਨੂੰ ਦੱਸਦਾ ਵੀ ਸਾਡੇ ਪਿੰਡ 'ਚ ਨਾ ਬੜੇ, ਬਸ ਇਹ ਤੋਂ ਬਿਨਾਂ ਹੀ ਚੰਗੇ ਸੀ। ਤਾਂ ਨਾ ਸਾਨੂੰ ਇਹਦੀ ਮਦਦ ਦੀ ਲੋੜ ਆ, ਨਾ ਸਾਨੂੰ ਇਹਦੇ ਕੋਈ ਪਿਆਰ ਦੀ ਲੋੜ ਆ। ਸਾਨੂੰ ਇਹਨੂੰ ਸਾਡੇ ਪਿੰਡ 'ਚ ਬੜੇ ਹੀ ਨਾ, ਬਸ ਆਹੀ ਗੱਲ ਆ, ਹੋਰ ਗੱਲ ਕੋਈ ਨਹੀਂ ਹੈ। ਬਿਲਕੁਲ। ਤਾਂ ਇਹਨਾਂ ਨੇ ਤਾਂ ਬਾਈਕਾਟ ਹੀ ਕਰਤਾ ਜੀ, ਸਾਡੇ ਪਿੰਡ 'ਚ ਹੀ ਨਾ ਬੜੇ। ਇਧਰਲੇ ਪਾਸੇ ਕਿੰਨੀ ਉਮਰ ਹੋ ਗਈ ਬਜ਼ੁਰਗੋ ਤੁਹਾਡੀ ਕਿੰਨੀ ਉਮਰ ਹੋ ਗਈ? ਸਾਡੀ ਤਾਂ ਉਮਰ ਜੀ 85-86 ਸਾਲ ਦੀ। ਅਸੀਂ ਤਾਂ ਐਂ ਦੇਖਦੇ ਸੀ ਵੀ ਉੱਥੇ ਪੋਸਟਮਾਸਟਰ ਹੋਏ ਨੇ ਪਹਿਲੇ ਬੰਦੇ ਦੇ ਅੰਗਰੇਜ਼ਾਂ ਦੇ ਰਾਜ ਵੇਲੇ, ਤੇ ਹੁਣ ਉਹਨੂੰ ਚੱਕ ਰਹੇ ਨੇ। ਚੱਕਿਆ ਕਾਹਤੋਂ ਜਾਂਦਾ?
ਅਸੀਂ ਤਾਂ ਕਹਿੰਦੇ ਉੱਥੇ 18-20 ਮੰਜਿਆਂ ਦਾ ਹਸਪਤਾਲ ਬਣਨ ਦਾ ਆਰਡਰ ਹੋਣਾ ਚਾਹੀਦਾ ਸਰਕਾਰ ਵੱਲੋਂ ਬਸ। ਬਿਲਕੁਲ। ਤਾਂ ਅਸੀਂ ਇੱਥੇ ਗੱਲਾਂ ਬਾਤਾਂ ਕਰੀਆਂ ਨੇ, ਤੁਹਾਨੂੰ ਤਕਰੀਬਨ ਜਿਹੜੀ ਕਿ ਸਾਰੀ ਰਿਪੋਰਟ ਆ ਉਹ ਦਿਖਾ ਦਿੱਤੀ ਆ। ਹੁਣੇ ਆਏ ਹੋ ਬਜ਼ੁਰਗੋ ਘਰੋਂ? ਤੁਰੇ ਹੀ ਆਏ ਹੋ? ਹਾਂਜੀ ਤੁਰੇ ਆਏ। ਕੱਲ ਇੱਥੇ ਕਹਿੰਦੇ ਖਾਸਾ ਕੁਛ ਰੌਲਾ ਪੈ ਗਿਆ, ਕਹਿੰਦੇ ਕਾਫੀ ਕੁਛ ਵਾਪਰ ਗਿਆ। ਪਤਾ ਲੱਗਿਆ ਮੈਂ ਹੈ ਨਹੀਂ ਸੀ ਇੱਥੇ, ਬਾਹਰ ਸੀਗਾ ਮੈਂ, ਹੈ ਨਹੀਂ ਸੀ ਇੱਥੇ। ਪਹਿਲਾਂ ਦੇਖਿਆ ਉਹਦੀ ਉਮਰ ਦੇ ਵਿੱਚ ਅਜਿਹਾ ਕੁਛ ਹੁੰਦਾ? ਮੈਂ ਇਹੋ ਜਿਹਾ ਕੁਛ ਨਹੀਂ ਦੇਖਿਆ ਜੀ, ਨਹੀਂ ਦੇਖਿਆ ਜੀ। ਦੇਖਿਆ ਬਥੇਰੇ, ਚਲੋ ਸਿਆਸੀ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਆਪਦੇ ਵਿਚਾਰ ਰੱਖਦੀਆਂ ਵੀ ਚਲੋ ਚੰਗੀ ਗੱਲ ਹੈ ਜੇ ਉਹ ਪਿੰਡ ਦਾ ਕੋਈ ਕੰਮ ਹੁੰਦਾ ਸੀ। ਪਰ ਜਦੋਂ ਸਰਪੰਚ ਸਾਹਿਬ ਨੇ ਸੁਝਾਅ ਦਿੱਤੇ ਸੋ ਮੰਨ ਲੈਣਾ ਚਾਹੀਦਾ ਸੀ ਵੀ ਗੱਲ ਸੁਣੀ ਹੈ ਗੱਲ ਵੀ ਰੌਲਾ ਪਿਆ ਜਿਸ ਗੱਲ ਕਰਤੀ ਵੀ ਜੇ ਉਹਨਾਂ ਕੋਲ ਨਹੀਂ ਫੰਡ ਸੀ, ਬਿਲਡਿੰਗ ਸੀਗੀ ਇੱਥੇ, ਬਿਲਡਿੰਗ ਮਤਲਬ ਸਰਪੰਚ ਸਾਹਿਬ ਦੇ ਦਿੰਦੇ ਵੀ ਉੱਥੋਂ ਸਾਡੇ ਪਹਿਲਾਂ ਹੀ ਡਾਕਟਰ ਨਹੀਂ ਬਹਿੰਦਾ, ਸਾਡੇ ਪਹਿਲਾਂ ਹਸਪਤਾਲ ਬਣਿਆ ਵਾ, ਸਾਨੂੰ ਤਾਂ ਹੋਰ ਉੱਥੇ ਮਤਲਬ ਬਿਸਤਰਿਆਂ ਦਾ ਚਾਹੀਦਾ। और बार मैं सफाई सेवक सारे पिंड का भाई, मैं कहना सफाई सेवक आज दिन लेकर मैं दूजा नहीं है ਜੀ। ਹਾਂਜੀ, ਤਾਂ ਅਸੀਂ ਇੱਥੇ ਜਿਹੜੀ ਗੱਲਬਾਤ ਹੈ ਸਫਾਈ ਸੇਵਕ ਨੇ ਉਹਨਾਂ ਨੇ ਵੀ ਇੱਧਰ SHO ਸਾਹਿਬ ਲੰਘੇ ਹੈਗੇ, ਕਿੱਧਰ ਲੰਘੇ SHO ਸਾਹਿਬ? ਸਿਮਰਨਜੀਤ ਸਿੰਘ ਮਾਨ ਵੀ ਪਹੁੰਚ ਚੁੱਕੇ ਨੇ, ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਸਰਦਾਰ ਸਿਮਰਨਜੀਤ ਸਿੰਘ ਮਾਨ ਪਹੁੰਚੇ ਨੇ। ਤਾਂ ਅਸੀਂ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕੱਲ ਕਾਫੀ ਕੁਝ ਵਾਪਰਿਆ ਇੱਥੇ। ਸਪੋਰਟ ਦੀ ਗੱਲ ਕਰ ਰਹੇ ਨੇ ਸਿਮਰਨਜੀਤ ਸਿੰਘ ਮਾਨ, ਸੰਗਰੂਰ ਤੋਂ MP ਜਿੱਤੇ ਹੋਏ ਨੇ ਜਿਮਨੀ ਚੋਣ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਅੱਜ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਇੱਥੇ ਤੁਹਾਨੂੰ ਅਸੀਂ ਤਸਵੀਰ ਦਿਖਾ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ। ਤਾਂ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਨਾਲ ਗੁਰਜੰਟ ਸਿੰਘ ਕੱਟੂ, ਰਣਦੀਪ ਸਿੰਘ, ਤਾਂ ਇਹ ਸਾਰੇ ਜਿਹੜੇ ਪਾਰਟੀ ਦੇ ਮੈਂਬਰ ਨੇ ਉਹ ਵੀ ਪਹੁੰਚੇ ਨੇ। ਤਾਂ ਇੱਥੇ ਅਸੀਂ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਤੁਸੀਂ ਦੇਖ ਸਕਦੇ ਹੋ, ਇੱਕ ਪਾਸੇ MLA ਗਾਲਾਂ ਕੱਢਦੇ ਨੇ ਤਾਂ ਦੂਜੇ ਪਾਸੇ MP ਮਾਨ ਸਨਮਾਨ ਦਿੰਦੇ ਨੇ। ਤਾਂ ਸਾਡੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ। ਇੱਕ ਪਾਸੇ ਫੰਡ ਦੇ ਕੇ ਜਾਂਦੇ ਨੇ ਸੈਣਾ ਪਿੰਡ ਨੂੰ, ਤਾਂ ਇੱਕ ਪਾਸੇ MLA ਗਾਲਾਂ ਕੱਢਦੇ ਦਿਖਾਈ ਦਿੰਦੇ ਨੇ। ਤਾਂ ਅਸੀਂ ਇਸ ਮਾਨ ਸਾਹਿਬ ਨੇ 5 ਲੱਖ ਦਾ ਐਲਾਨ ਕੀਤਾ ਹਸਪੀਟਲ ਨੂੰ, ਜਿਹੜੇ ਹਸਪੀਟਲ ਦੀ ਗੱਲ ਨੂੰ ਲੈ ਕੇ ਸਰਪੰਚ ਨੂੰ ਗਾਲਾਂ ਕੱਢੀਆਂ ਆ MLA ਦੇ ਵੱਲੋਂ। ਮਾਨ ਸਾਹਿਬ ਤੁਸੀਂ 5 ਲੱਖ ਦਾ ਐਲਾਨ ਕਰਦੇ ਹੋ, ਦੂਜੇ ਪਾਸੇ MLA ਗਾਲਾਂ ਕੱਢ ਰਹੇ ਨੇ। ਚਲੋ ਫਿਰ ਇਹਦਾ ਤਾਂ ਇਹ ਜਵਾਬ ਨਹੀਂ ਨਾ ਦੇ ਸਕਦੇ ਕੁਛ ਵੀ, ਕਿਉਂ ਕਰਕੇ ਸਰਪੰਚ ਬੁਨਿਆਦ ਹੈ ਸਾਡੀ ਜਮਹੂਰੀਅਤ ਦੀ ਜੀ, ਤੇ ਇਹਦੇ ਨਾਲ ਖੜਨਾ ਹਰੇਕ ਆਦਮੀ ਨੂੰ ਚਾਹੀਦਾ ਹੈਗਾ। ਕਿਉਂ ਕਰਕੇ ਹਰੇਕ ਆਦਮੀ ਦੇ ਦੁੱਖ ਸੁੱਖ ਸਰਪੰਚ ਸੁਣਦਾ, MLA ਨਹੀਂ ਸੁਣ ਸਕਦਾ, MP ਨਹੀਂ ਸੁਣ ਸਕਦਾ, ਹੋਰ ਕੋਈ ਨਹੀਂ ਸੁਣ ਸਕਦਾ। ਸਰਪੰਚ ਹੈ ਜਿਹੜਾ ਸਾਰੇ ਦੁੱਖ ਤਕਲੀਫ ਸੁਣਦਾ ਹੈਗਾ, ਤੇ ਇਹਦੀ ਇੱਜ਼ਤ ਹੋਣੀ ਚਾਹੀਦੀ ਹੈ, ਨਾ ਕਿ ਇਹਨੂੰ ਡਰਾਵੇ ਦੇਣੇ ਚਾਹੀਦੇ ਮਾਨ ਆ। ਸਾਹਿਬ ਜਿਹੜਾ ਤੁਸੀਂ ਪਰਚੀ ਦੀ ਗੱਲ ਕਰੀ ਹੈ, ਇਹ ਮੁੱਦਾ ਜਿਹੜਾ ਇਹ ਗਾਲਾਂ ਕੱਢੀਆਂ ਗਈਆਂ MLA ਦੇ ਵੱਲੋਂ, ਤੁਸੀਂ ਲੋਕ ਸਭਾ ਦੇ ਵਿੱਚ ਇਹ ਚੁੱਕੋਗੇ? ਜੇ ਟਾਈਮ ਮਿਲਿਆ ਤਾਂ ਚੱਕਾਂਗੇ, ਪਰ ਇਹ ਮੇਰਾ ਮਤਲਬ ਹੋਰ ਬੜੇ ਮੁੱਦੇ ਹੁੰਦੇ ਆ ਤੇ ਵਿੱਚ ਗੱਲ ਕਰਦਿਆਂ ਫਸਾ ਸਕਾਂਗੇ ਕਿਸੇ ਗੱਲਬਾਤ ਦੇ ਵਿੱਚ। ਜੀ ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ, ਤੁਸੀਂ ਦੇਖ ਸਕਦੇ ਹੋ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਸਾਡੇ ਨਾਲ ਮੌਜੂਦ ਸਨ, ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰੀ ਆ। ਤਾਂ ਅੱਜ ਸਰਪੰਚ ਦੇ ਹੱਕ ਦੇ ਵਿੱਚ ਪਹੁੰਚੇ ਸੀ, ਸਿਮਰਨਜੀਤ ਸਿੰਘ ਮਾਨ। ਤਾਂ ਇੱਥੇ ਇੱਕ ਪਾਸੇ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਇੱਕ ਪਾਸੇ ਲੋਕਾਂ ਦੇ ਵੱਲੋਂ ਚੁਣੇ ਹੋਏ ਸਰਪੰਚ ਨੂੰ, ਲੋਕਾਂ ਦੇ ਵੱਲੋਂ ਹੀ ਚੁਣੇ ਹੋਏ MLA ਦੇ ਵੱਲੋਂ ਗਾਲਾਂ ਕੱਢੀਆਂ ਗਈਆਂ, ਤਾਂ ਦੂਜੇ ਪਾਸੇ ਲੋਕਾਂ ਦੇ ਵੱਲੋਂ ਚੁਣੇ ਹੋਏ MP ਦੇ ਵੱਲੋਂ ਪਿੰਡ ਨੂੰ ਫੰਡ ਦੀ ਗੱਲ ਕਰੀ ਗਈ। 5 ਲੱਖ ਦਾ ਐਲਾਨ ਕੀਤਾ ਗਿਆ ਕਿ ਉਸੇ ਹਸਪੀਟਲ ਦੇ ਵਿੱਚ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਤਾਂ ਅਸੀਂ ਆਪਣੇ ਫੰਡ ਦੇ ਵਿੱਚੋਂ 5 ਲੱਖ ਰੁਪਇਆ ਦੇਵਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਗਰਾਊਂਡ ਜ਼ੀਰੋ ਤੇ ਰਿਪੋਰਟ ਆ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਸਾਰੇ ਪਿੰਡ ਨੂੰ, ਕੱਲੇ ਸਰਪੰਚ ਨੂੰ ਨਾ ਕਹ ਸਾਰੇ ਪਿੰਡ ਨੂੰ ਕੱਢੀਆਂ, ਜਾਂ ਇੱਥੇ ਆਏ ਦਿਨ ਬਾਲੇ ਸਾਡੇ ਨਾਲ, ਅੱਜ ਤੇ ਮਰਜ਼ੀ ਆਏ ਹਾਂ ਸਾਰੇ MLA ਲੈਬ ਸ਼ਕਾਬ ਦੇ। ਕਿੰਨੀ ਉਮਰ ਹੋ ਗਈ ਬਾਬਾ ਤੁਹਾਡੀ? 80 ਸਾਲ ਦੀ ਹੋ ਗਈ ਜੀ। 80 ਸਾਲਾਂ 'ਚ ਦੇਖਿਆ ਪਹਿਲਾਂ ਕੋਈ ਅਜਿਹਾ MLA MP ਜਿਹੜਾ ਪਿੰਡ ਨੂੰ ਆ ਕੇ ਬੋਲੇ? ਸਾਰੇ ਉੱਤੇ ਫਿਰਦੇ ਨਾਲ, ਇਹਦੇ ਨਾਲ ਤੁਰੇ ਫਿਰਦੇ ਇਹਦੇ ਨਾਲ ਹੀ ਸਾਰੀ ਉਮਰ ਪਿੰਡ ਮੁੱਢਾ ਸੀ ਇਹਦੇ। ਇਹ ਗਜ਼ਾਰਾ ਨਾਲ ਤਾਂ ਕਿੱਥੇ ਰੁਲਦੇ ਆ। ਸੱਚਾ ਮੋਬਾਈਲ ਵੇਚਦਾ
ਟਰਾਂਸਫਾਰਮ ਵੇਚਦਾ, ਚੋਰ ਖੜਾ ਕਰਕੇ ਉਹ ਬਣਾਤਾ। ਚੋਰ ਨੇ ਚੋਰੀ ਵਾਲੀ ਗੱਲ ਕੀਤੀ, ਬਦਮਾਸ਼ਾਂ ਵਾਲੀ ਗਾਲਾਂ ਕੱਢ ਗਿਆ। ਤੇ ਕੱਲ ਇੱਥੇ ਹੁੰਦੇ ਤਾਂ ਫਿਰ ਢਿੱਡ ਨਾ ਪਾੜ ਦਿੰਦੇ, ਸ਼ੱਕ ਅੰਦਰ ਜਾ ਵੜਦੇ ਤਾਂ ਇੱਕ ਜਾਂਦੀ ਅੰਦਰ ਵੀ ਬੰਦੇ ਜਾਂਦੇ ਨੇ, ਕਿਹੜਾ ਬੋਲਦਾ। ਬਹੁਤ ਵੱਡੀ ਗਲਤੀ ਕੀਤੀ ਇਹਨਾਂ ਨੇ, ਬਹੁਤ ਬੇਵਕੂਫੀ ਕੀਤੀ। ਇਦੋਂ ਬੇਵਕੂਫੀ ਹੋਰ ਕੋਈ ਹੋ ਸਕਦੀ ਆ। ਸਰਪੰਚ ਨੂੰ ਉਹਦੇ ਪਿਓ ਦੇ ਕਾਤਲ ਨੂੰ ਆਪ ਕਹੇ ਹੋਵੇ ਅੰਦਰ, ਉਹਦਾ ਪਿਓ ਉਹ ਤੋਂ ਮਰਿਆ। ਅਸੀਂ ਕਹਿੰਦੇ ਉਹਦਾ ਪਿਓ ਉਹਨੇ ਮਾਰਿਆ ਆਪ। ਕੋਈ ਸਬੂਤ ਹੈ? ਤੁਸੀਂ ਇਹ ਗੱਲ ਬੜੀ ਵੱਡੀ ਕਹਿ ਰਹੇ ਹੋ ਅੱਜ ਇੱਥੇ ਖੜ ਕੇ ਲੋਕਾਂ ਨੇ, ਕਿਉਂਕਿ ਉਹ ਗੁੱਸੇ ਹੋ ਗਿਆ। ਉਹ ਕਿਹਦੇ ਨਾਲ ਮਰਿਆ? ਉਹਦੀ ਮਾਂ ਨਾਲ, ਉਹਦੇ ਨਾਲ ਤੋਇਆ। ਉਹ ਕਿਹਦੇ ਨਾਲ ਗੁੱਸੇ ਹੋਇਆ? ਦੱਸੇ ਕਿਹਦੇ ਨਾਲ ਗੁੱਸੇ ਹੋ ਕੇ ਮਰਿਆ? ਰਿਪੋਰਟ ਤਾਂ ਦੇਵੇ, ਮੇਰਾ ਪਿਓ ਮਰਿਆ। ਉਹ ਤਾਂ ਕਹਿੰਦੇ ਅਟੈਕ ਆਇਆ, ਰਿਪੋਰਟਾਂ ਦਿੱਤੀਆਂ ਨੇ, ਕਹਿੰਦੇ ਰਿਪੋਰਟਾਂ ਦੇ ਵਿੱਚ ਅਟੈਕ ਕਢਾ ਦਿੱਤੀਆਂ ਜੀ ਪੈਸੇ ਤੇ ਐਮਐਲਏ ਕਾ ਕਢਾ ਦਿੱਤੀਆਂ। ਬਾਈ ਖੜੇ ਨੇ। ਬਾਈ ਨੌਜਵਾਨੋ, ਕੱਲ ਤੁਹਾਡੇ ਪਿੰਡ ਦੇ ਸਰਪੰਚ ਦੇ ਨਾਲ ਕਾਫੀ ਵਧੀਕੀ ਹੋਈ ਹੈ। ਇੱਕ ਮੇਰੇ ਪਿੰਡ ਤਾਂ ਗਿੱਲ ਕੁੱਠੇ ਜਿਉਂ ਸਹਿਣੇ ਨਾਲ ਹੀ ਹੈ। ਹਾਂਜੀ, ਆਜੋ ਉਰੇ ਨੂੰ ਆਜੋ ਬਾਬੇ, ਉਰੇ ਨੂੰ ਆਜੋ। ਅੱਜ ਅਸੀਂ ਗੱਲਾਂ ਕਰਨੇ ਆਏ ਆ ਪਿੰਡ ਦੇ ਨਾਲ। ਜਿੱਥੇ ਮਰਜ਼ੀ ਆ ਜੇ, ਇੱਥੇ ਮਰਜ਼ੀ ਜਦੋਂ ਮਰਜ਼ੀ ਆ ਜੇ, ਤੈਨੂੰ ਦੱਸ ਕੇ ਵੀ ਜਿਵੇਂ ਆਉ ਨਾ ਤੇਰਾ ਸਾਫ ਤੇ ਜਾਵੜਾ, ਫਿਰ ਦੇਖ ਲਾਂਗੇ ਜੀ। ਗਾਉਂ ਸਹਿਣੇ ਕਦੀ ਮੂੰਹ ਵੀ ਕਰਕੇ ਤਾਂ ਕਹਿ ਦਿਓ ਜੀ, ਮੂੰਹ ਵੀ ਕਰਕੇ ਤਾਂ ਇਹ 76 ਪੈਣਗੇ ਤਾਂ 76। ਤੁਸੀਂ ਕੋਲੇ ਸੀ ਪ੍ਰਧਾਨ ਜੀ? ਕੀ ਗੱਲਬਾਤ ਹੋਈ ਆ ਕੱਲ? ਕਿੱਥੋਂ ਸ਼ੁਰੂ ਹੋਈ ਆ, ਕਿੱਥੇ ਜਾ ਕੇ ਖਤਮ ਹੋ ਗਈ ਇਹ ਗੱਲ? ਗੱਲਬਾਤ ਸਾਡੇ ਮਿੰਨੀ ਹਸਪਤਾਲ ਅੱਡੇ ਤੇ ਬਲਾਕ ਕਰਨੀ। ਬਾਕੀ ਇਹ ਪਹਿਲਾਂ ਤੋਂ ਸੀਗਾ। ਇੱਥੇ ਜਿਹੜੇ ਪੋਸਟਮਾਰਟਮ ਵੀ ਹੁੰਦੇ ਰਹੇ। ਅੰਗਰੇਜ਼ਾਂ ਵੇਲੇ ਦਾ ਹਸਪਤਾਲ ਆ ਇਹ। ਸਾਡੇ ਪਿੰਡ ਦੇ ਲਾਰਿਆਂ ਦਾ ਸਮਝ ਲਓ ਵੀ ਇਹ ਦਾਨ ਕੀਤੀ ਹੋਈ ਜ਼ਮੀਨ, ਪੰਚਾਇਤੀ ਜ਼ਮੀਨ ਨਹੀਂ, ਇਹਨੂੰ ਬਦਲ ਨਹੀਂ ਸਕਦੇ। ਪਹਿਲਾਂ ਕਲੇਰ ਸਰਪੰਚ ਜਦੋਂ ਬਣਿਆ ਸੀ ਉਦੋਂ ਇੱਥੋਂ ਹਸਪਤਾਲ ਬਦਲਣ ਦੀ ਗੱਲ ਕਰੀ ਸੀ। ਉਹ ਕਹਿੰਦੇ ਹਸਪਤਾਲ ਰੱਖ ਸਕਦੇ, ਬਦਲ ਨਹੀਂ ਸਕਦੇ। ਇੱਥੇ ਜਿਹੜਾ ਇਹਨਾਂ ਨੂੰ ਅਸੀਂ ਇਹ ਆਖਿਆ ਵੀ ਜਿਹੜੀ ਸਾਡੀ ਡਿਸਪੈਂਸਰੀ ਇਹ ਨਾ ਚੱਕੀ ਜਾਵੇ, ਇੱਥੇ ਜਿੰਨੇ ਮੁਲਾਜ਼ਮ ਪੂਰੇ ਕਰੇ ਜਾਣ। ਪੰਚਾਇਤ ਨੇ ਇਹ ਗੱਲ ਕਹੀ ਵੀ ਆਹ ਦੁਕਾਨਾਂ ਬਣੀਆਂ ਮੈਂ ਪੰਚਾਇਤ ਘਰ 'ਚ ਜਾਂ ਹੋਰ ਜਗ੍ਹਾ ਉਹ ਦੇ ਦਿੰਦੇ ਆ। ਨਹੀਂ ਤੁਹਾਨੂੰ ਜਿੱਥੇ ਚੰਗੀ ਲੱਗਦੀ ਆ, ਜੇ ਗੌਰਮੈਂਟ ਕੋਲ ਪੈਸੇ ਨਹੀਂ ਅਸੀਂ ਬਣਵਾ ਕੇ ਦੇ ਦਿੰਦੇ ਆ ਵੀ ਸਾਡੀ ਇਹ ਬਣੀ ਵੀ ਚੀਜ਼ ਨਾ ਚੱਕੀ ਜਾਵੇ। ਤੇ ਉਦੋਂ ਬਾਅਦ ਜਦੋਂ ਇਹ ਗੱਲਾਂ ਹੋਈਆਂ, ਜਿਹੜੇ ਇਹਨਾਂ ਦੇ ਵਰਕਰ ਸਾਨੂੰ ਕਹਿੰਦੇ ਹੁੰਦੇ ਸੀ ਮਾਨ ਸਾਹਿਬ ਤੋਂ 25 ਬਿਸਤਰਿਆਂ ਦਾ ਹਸਪਤਾਲ ਮੰਗੋ। ਮੈਂ ਕਿਹਾ ਇਹਦੇ 'ਚ ਇਹ ਕੋਟੇ 'ਚ ਹੁੰਦਾ ਨਹੀਂ ਵੀ ਹੁਣ ਤੁਹਾਡੀ ਸਰਕਾਰ ਆ ਗਈ। ਇਹਨਾਂ ਦੇ ਵਰਕਰ ਕਹਿੰਦੇ ਵੀ ਸੀਗਾ, ਜਿਹੜੀ ਸਰਪੰਚ ਨੇ ਗੱਲ ਕਹੀ ਵੀ ਤੁਸੀਂ 17 ਮੰਜਾ ਦਾ ਉਹ ਕਹਿੰਦੇ ਸੀ ਹਸਪਤਾਲ ਦੇਵਾਂਗੇ। ਇਹਨੂੰ ਕਹਿੰਦੇ ਝੂਠ ਬੋਲਦਾ। ਫਿਰ ਤਰਖੀ ਕਾ ਕੇ ਕਹਿੰਦਾ ਜੇ ਸਰਪੰਚ ਤੇਰੇ ਛਿੱਤਰ ਮਾਰ ਕੇ ਅੰਦਰ ਕੀਤਾ ਹੁੰਦਾ ਫਿਰ ਤੈਨੂੰ ਪਤਾ ਲੱਗਦਾ। ਇੱਕ ਨੂੰ ਬੋਲਿਆ, ਫਿਰ ਪ੍ਰਸ਼ਾਸਨ ਨੇ ਇਹਨੂੰ ਗਾਹਾਂ ਨੂੰ ਕਰ ਲੈਣਾ ਸੀ, ਉਸ 'ਚ ਭੱਟ ਹੁੰਦੀ। ਬਿਲਕੁਲ। ਤਾਂ ਇਹ ਪੂਰੀ ਜਿਹੜੀ ਕਹਾਣੀ ਹੋਈ ਆ ਇੱਥੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇੱਥੇ ਕਾਫੀ ਲੋਕਾਂ ਦੇ ਵਿੱਚ ਰੋਹ ਆ, ਗੁੱਸਾ ਗਾ ਕਿ ਸਾਡੇ ਪਿੰਡ ਦੇ ਸਰਪੰਚ ਨੂੰ ਆਖਰ ਇੱਕ ਐਵੇਂ ਬੋਲ ਕਿਵੇਂ ਗਿਆ। ਜਿਹੜਾ ਵਿਰੋਧ ਸੀਗਾ, ਉਸ ਵਿਰੋਧ ਦੇ ਵਿੱਚ ਭਦੌੜ ਹਲਕੇ ਦੇ ਵਿਧਾਇਕ ਇਹ ਕਹਿੰਦੇ ਨਜ਼ਰ ਆਏ ਨੇ ਕਿ ਤੇਰੇ ਥੱਪੜੇ ਮਾਰੇ ਜਾਣਗੇ, ਤੈਨੂੰ ਥੱਲੇ ਸੁੱਟਿਆ ਜਾਊਗਾ। ਉਹ ਕੱਲਾ ਸਰਪੰਚ ਦੇ ਥੱਪੜ ਨਹੀਂ ਵੱਜਿਆ ਜੀ ਵੀਰ ਜੀ, ਉਹ ਸਾਰੇ ਪਿੰਡ ਦੇ ਵੱਜ ਗਿਆ। ਉਹਨਾਂ ਨੇ ਬਹੁਤ ਗਲਤ ਕਰਿਆ। ਸਰਪੰਚ ਸਾਹਿਬ ਦੇ ਨਾਲ ਸਾਰਾ ਪਿੰਡ ਆ ਜੀ ਖੜਾ। ਮੁਹੱਲਾ ਕਲੀਨਿਕ ਚਾਹੁੰਦੇ ਹੋ ਪਿੰਡ ਦੇ ਵਿੱਚ? ਇਹ ਗੱਲ ਸਾਰੇ ਲੋਕ ਚਾਹੁੰਦੇ ਨੇ। ਸਾਡੇ ਹਸਪਤਾਲ ਸੀਗੇ ਬਣਿਆ ਵੱਡਾ, ਹਸਪਤਾਲ ਚੱਕ ਕੇ ਸਰਪੰਚ ਸਾਹਿਬ ਕਹਿੰਦੇ ਸੀ ਇੱਥੇ ਸਾਨੂੰ ਜਗ੍ਹਾ ਦੇ ਦਿਓ, ਬਣੇ ਵੀ ਕਮਰੇ ਇੱਥੇ ਬਣਾ ਲਓ। ਉਹ ਤਾਂ ਇੱਕ ਜਿੱਦਬਾਜ਼ੀ ਵਾਲੀ ਗੱਲ ਹੈ ਜੀ। ਭਗਵੰਤ ਮਾਨ ਇੱਥੇ ਵਾਅਦਾ ਵੀ ਕਰਕੇ ਗਿਆ ਸੀ, ਕਹਿੰਦਾ ਮੈਂ 25 ਬਿਸਤਰਿਆਂ ਦਾ ਹਸਪਤਾਲ ਬਣਾਊਂ। ਇਹ ਵੀ ਸਟੇਜ ਤੇ ਬੋਲ ਕੇ ਗਿਆ ਸੀ। ਜੋ ਕੱਲ ਸਰਪੰਚ ਨੇ ਕਿਹਾ, ਕਹਿੰਦਾ ਇਹ ਕੀ ਕਰ ਰਹੇ ਹੋ? ਉਹ ਸਰਪੰਚ ਨੂੰ ਪੁੱਠਾ ਬੋਲਿਆ, ਕਹਿੰਦਾ ਤੇਰੇ ਮਾਰ ਕੇ ਲਫੇੜੇ ਤੈਨੂੰ ਅੰਦਰ ਛੱਡਿਆ ਹੋਵੇ, ਤੈਨੂੰ ਫੇਰ ਪਤਾ ਲੱਗੇ। ਇਹ ਕਹਿੰਦਾ ਜੀ ਇੱਥੇ ਫ੍ਰੀ ਟੈਸਟ ਹੋਇਆ ਕਰਨਗੇ। ਇਹਦੇ ਪਿੰਡ ਮਹੱਲਾ ਕਲੀਨਿਕ ਬਣਿਆ, ਜਾ ਕੇ ਪਹਿਲਾਂ ਉੱਥੇ ਦੇਖੋ ਵੀ ਉਹ ਕਿੰਨੇ ਕੁ ਟੈਸਟ ਹੁੰਦੇ ਆ। ਉੱਥੇ ਜਿੰਦਾ ਲੱਗਿਆ ਪਿਆ। ਜਿਹੜਾ ਮਾੜਾ ਮੋਟਾ ਇੱਥੇ ਗਰੀਬ ਜਨਤਾ ਨੂੰ ਸਹੂਲਤ ਮਿਲਦੀ ਸੀ ਉਹ ਵੀ ਗਈ। ਜੇ ਹੁਣ ਇਹ ਲੋਕ ਦੁਨੀਆ ਉੱਪਰ ਨੂੰ ਜਾ ਰਹੀ ਹੈ, ਸਾਡੇ ਪਿੰਡ ਨੂੰ ਥੱਲੇ ਨੂੰ ਲੈ ਕੇ ਜਾ ਰਹੇ ਆ। ਇਹ ਆਉਣਗੇ ਵੋਟਾਂ ਮੰਗਣ, ਫਿਰ ਕੀ ਉਹਨਾਂ ਨੂੰ ਪੁੱਛੋਗੇ ਕੋਈ ਗੱਲ? ਤਾਂ ਪਿੰਡ 'ਚ ਵੀ ਨਹੀਂ ਵੜਨ ਦਿੰਦੇ ਜੀ। ਉਹ ਜਿਹੇ ਬੰਦੇ ਨੂੰ ਸਾਡੇ ਪਿੰਡ 'ਚ ਖੁਸ਼ੀ ਆਵੇ, ਸਾਰਾ ਪਿੰਡ ਹੀ ਬਾਈਕਾਟ ਕਰੂਗਾ, ਵਾਢਿਆਂ ਲਾ ਉਹਨਾਂ ਦਾ। ਸਾਡਾ ਸਰਪੰਚ ਚੁਣਿਆ ਵਾ, ਸਾਰੇ ਪਿੰਡ ਦਾ ਚੁਣਿਆ ਵਾ। ਇਹ ਥੋੜਾ ਵੀ ਉਹਨੂੰ ਜਦੋਂ ਉਹਦੀ ਹੱਦ ਕਰ ਗਿਆ ਬਾਕੀ ਕੀ ਰਹਿ ਗਿਆ ਪਿੱਛੇ ਸਾਡੇ ਕੋਲ। ਆਪਣੀ ਉਮਰ ਦੇ ਵਿੱਚ ਕਦੇ ਦੇਖਿਆ ਸੀ ਇਹੋ ਜਿਹਾ ਕੁਝ ਐਮਐਲਏ ਵੱਲੋਂ ਸਰਪੰਚ ਨੂੰ ਬੋਲਿਆ ਗਿਆ ਹੋਵੇ? ਅਸੀਂ ਇਹੋ ਜਿਹਾ ਬੰਦਾ ਅੱਜ ਤੱਕ ਦੇਖਿਆ ਹੀ ਨਹੀਂ ਸੀ। ਇਹ ਕਹਿੰਦਾ ਸੀ ਵੀ ਬਦਲਾਓ ਕਰੂੰਗਾ। ਹੁਣ ਥਾਂ ਤਾਂ ਚੋਰੀਆਂ ਹੋਈ ਜਾਂਦੀਆਂ, ਥਾਂ ਕੋ ਜਿੱਥੇ ਮਰਜ਼ੀ ਲੁੱਟ ਖੋਹ ਹੋਈ ਜਾਂਦੀ ਆ। ਆ ਸਾਡੇ ਪਿੰਡਾਂ ਵਾਲੇ ਰਾਹ ਦੇ ਵਿੱਚ ਕੋਈ ਨਹੀਂ ਲੰਘਣ ਦਿੰਦਾ ਹੈ। ਇਹਦੇ ਰਾਜ ਦੇ ਵਿੱਚ ਬਦਲਾਓ ਹੋਇਆ ਵਾ। ਕੁਲਚਿਆਂ ਵਾਲੇ ਤੋਂ ਵੀ ਪੈਸੇ ਖੋਹੀ ਜਾਂਦੇ। ਭਾਈ ਜੀ ਸਾਡੀ ਸਾਥੋਂ ਗਲਤੀ ਇੱਕ ਬਹੁਤ ਵੱਡੀ ਇਹ ਹੋ ਚੁੱਕੀ ਆ, ਜਿਹਦਾ ਅਸੀਂ ਅੱਜ ਖਮਿਆਜਾ ਭੁਗਤ ਰਹੇ ਹਾਂ ਕਿ ਅਸੀਂ ਵਿਰੋਧੀ ਧਿਰ ਹੀ ਨਹੀਂ ਰੱਖੀ। ਅਸੀਂ 92 ਦੀਆਂ 92 ਸੀਟਾਂ ਇਹਨਾਂ ਨੂੰ ਦੇ ਬੈਠੇ, ਜਦ ਕਿ ਵਿਰੋਧੀ ਧਿਰ ਹੁੰਦੀ ਤਾਂ ਅੱਜ ਇਹ ਇਹਨਾਂ ਗੱਲਾਂ ਤੇ ਨਾ ਉਤਰਦੇ, ਕਿਉਂਕਿ ਹੁਣ ਕੋਈ ਬੋਲਣ ਵਾਲਾ ਹੈ ਹੀ ਨਹੀਂ। ਅਸੀਂ ਬਖਸ਼ਦੇ ਨਹੀਂ ਸੀਗੇ। ਇੱਕ ਬੰਦਾ ਕੱਲ ਤਾਂ ਸਾਨੂੰ ਹੱਥ ਬੰਨ੍ਹ ਕੇ ਵੋਟਾਂ ਮੰਗਦਾ, ਮੇਰੀ ਮਦਦ ਕਰੋ। ਅਗਲੇ ਦਿਨ ਸਾਨੂੰ ਆ ਕੇ ਲਫੇੜੇ ਦਿਖਾਉਂਦਾ, ਕਹਿੰਦਾ ਤੁਹਾਨੂੰ ਜੇਲ੍ਹ 'ਚ ਸਿੱਟਿਆ ਹੋਵੇ, ਫਲਾਨਾ ਕਰਿਆ ਹੋਵੇ।
ਉਹਨੂੰ ਅਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ? ਨਹੀਂ ਕਰਦੇ। ਐਸਐਚਓ ਸਾਹਿਬ ਤੁਸੀਂ ਕੱਲ ਨਾਲ ਸੀਗੇ ਜਿਹੜੀ ਘਟਨਾ ਵਾਪਰੀ ਆ ਇੱਥੇ ਹੋਇਆ ਜੋ ਕੁਝ ਹੋਇਆ, ਤੁਸੀਂ ਕੱਲ ਨਾਲ ਸੀਗੇ? ਜਿਹੜਾ ਇੱਥੇ ਕੱਲ ਵਿਧਾਇਕ ਦੇ ਨਹੀਂ ਆਪਾਂ ਵੀ ਗੱਲ ਬਹੁਤ ਬੜੀ ਜ਼ਰੂਰੀ ਆ ਗੱਲ ਜਿਹੜੀ ਆਪਾਂ ਕਰ ਰਹੇ ਹਾਂ, ਲੋਕਾਂ ਦੀ ਮਸਲਾ ਹੈਗਾ। ਇਹਨੂੰ ਕਹਦੇ ਵੀ ਗਾਹਾਂ ਨੂੰ ਸਾਡੇ ਪਿੰਡ 'ਚ ਨਾ ਵੜੇ, ਬਸ ਅਸੀਂ ਤਾਂ ਇਹ ਤੋਂ ਬਿਨਾਂ ਹੀ ਚੰਗੇ ਆ। ਕਹਿ ਦਈਏ ਵੀ ਗਾਹਾਂ ਨੂੰ ਨਾ ਬੜੇ ਸਹਿਣੇ 'ਚ, ਕਹਿੰਦੇ ਵੀ ਸਾਡੇ ਪਿੰਡ 'ਚ ਨਾ ਵੜੇ ਐਮਐਲਏ। ਹੁਣ ਪਛਤਾਉਣੇ ਹੋ ਵੀ ਜਾਂ ਬਾਦਲਾਂ ਨੂੰ ਹੀ ਵੋਟ ਪਾ ਕੇ ਜਿਤਾ ਦਿੰਦੇ ਜਾਂ ਚੰਨੀ ਵਰਗਿਆਂ ਨੂੰ ਜਿਤਾ ਦਿੰਦੇ? ਅਸੀਂ ਤਾਂ ਜਮਾ ਪਛਤਾਉਨੇ ਆ, ਸਾਨੂੰ ਤਾਂ ਪਤਾ ਨਹੀਂ ਸੀ ਵੀ ਅਸੀਂ ਤਾਂ ਕਿ ਵੀ ਗਰੀਬ ਘਰ ਦਾ ਪੁੱਤਾ ਚੱਲ ਬਣਾ ਦਿੰਨੇ ਆ, ਇਹਨੂੰ ਤਾਂ ਸਹੁਰੇ ਨੂੰ ਜਮਾ ਹੀ ਮੱਤ ਨਹੀਂ। ਮਾਨ ਸਾਹਿਬ ਤੁਸੀਂ 5 ਲੱਖ ਦਾ ਐਲਾਨ ਕਰਦੇ ਹੋ, ਦੂਜੇ ਪਾਸੇ ਐਮਐਲਏ ਗਾਲਾਂ ਕੱਢ ਰਹੇ ਨੇ। ਕਿਉਂ ਕਰਕੇ ਹਰੇਕ ਆਦਮੀ ਦੇ ਦੁੱਖ ਸੁੱਖ ਸਰਪੰਚ ਸੁਣਦਾ, ਐਮਐਲਏ ਨਹੀਂ ਸੁਣ ਸਕਦਾ, ਐਮਪੀ ਨਹੀਂ ਸੁਣ ਸਕਦਾ, ਹੋਰ ਕੋਈ ਨਹੀਂ ਸੁਣ ਸਕਦਾ। ਸਰਪੰਚ ਹੈ ਜਿਹੜਾ ਸਾਰੇ ਦੁੱਖ ਤਕਲੀਫ ਸੁਣਦਾ ਹੈਗਾ। ਗੱਲ ਕਰੀਏ ਇਹ ਮੁੱਦਾ ਜਿਹੜਾ ਇਹ ਗਾਲਾਂ ਕੱਢੀਆਂ ਗਈਆਂ ਐਮਐਲਏ ਦੇ ਵੱਲੋਂ, ਤੁਸੀਂ ਲੋਕ ਸਭਾ ਦੇ ਵਿੱਚ ਇਹ ਚੁੱਕੋਗੇ? ਜੇ ਟਾਈਮ ਮਿਲਿਆ ਤਾਂ ਚੱਕਾਂਗੇ, ਪਰ ਇਹ ਮੇਰਾ ਮਤਲਬ ਹੋਰ ਬੜੇ ਮੁੱਦੇ ਹੁੰਦੇ ਆ। ਕੱਲੇ ਸਰਪੰਚ ਨੂੰ ਨਾ ਕਹ ਸਾਰੇ ਪਿੰਡ ਨੂੰ ਕੱਢੀਆਂ ਜਾਂ ਇੱਥੇ ਆਏ ਦਿਨ ਬੰਨ੍ਹ ਸਾਡੇ ਨਾਲ, ਅੱਜ ਤੇ ਮਰਜ਼ੀ ਆਏ। ਹਾਂ ਸਾਰੇ ਐਮਐਲਏ ਲੈਬ ਸ਼ਕਾਬ ਦੇ ਇੰਨੀ ਜ਼ਿਆਦਾ ਪੁਲਿਸ ਬੁਲਾ ਲਈ। ਤੁਹਾਨੂੰ ਪਤਾ ਹੁਣ ਵੀ ਅੱਜ ਗਲਾ ਵੀ ਦੁਖੀ ਜਾਂਦੇ ਆ। ਕੱਲ ਉੱਥੇ ਇੰਨਾ ਰੋਸ ਪ੍ਰਦਰਸ਼ਨ ਹੋਇਆ, ਲੋਕਾਂ ਨੇ ਇੰਨੀ ਭੈੜੀ ਹਾਲਤ ਕੀਤੀ ਵਿਧਾਇਕ ਨਾਲ। ਜਦੋਂ ਉਹਨੇ ਇਹ ਗੱਲ ਕਹੀ ਵੀ ਤੈਨੂੰ ਥੱਪੜ ਮਾਰ ਕੇ ਸੱਤਾ ਦੇ ਨਸ਼ੇ 'ਚ ਕਿਹਾ ਵੀ ਜੇ ਤੈਨੂੰ ਥੱਪੜ ਮਾਰ ਕੇ ਅੰਦਰ ਸਿੱਟਿਆ ਹੁੰਦਾ ਤਾਂ ਤੈਨੂੰ ਪਤਾ ਲੱਗ ਜਾਂਦਾ, ਪਰ ਉਹਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਸੀ। 22,000 ਆਬਾਦੀ ਵਾਲਾ ਇਹ ਕਸਬਾ ਗਾ, ਇੱਥੇ ਮੁਹੱਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਦੀ ਸਾਨੂੰ ਲੋੜ ਨਹੀਂ। ਉਹਦੇ ਪਿਓ ਦੇ ਕਾਤਲ ਨੂੰ ਆਪ ਕਹੇ ਹੋਵੇ ਅੰਦਰ, ਉਹਦਾ ਪਿਓ ਉਹ ਤੋਂ ਮਰਿਆ। ਅਸੀਂ ਕਹਿ ਰਹੇ ਉਹਦੇ ਪਿਓ ਉਹਨੇ ਮਾਰਿਆ ਆਪ। ਵੀ ਸਬੂਤ ਹੈ, ਤੁਸੀਂ ਇਹ ਗੱਲ ਬੜੀ ਵੱਡੀ ਕਹਿ ਰਹੇ ਹੋ ਅੱਜ ਇੱਥੇ ਖੜ ਕੇ ਲੋਕਾਂ ਨੇ, ਕਿਉਂਕਿ ਸੋ ਪੰਜਾਬ ਸਰਕਾਰ ਦੇ ਵੱਲੋਂ ਮੁਹੱਲਾ ਕਲੀਨਿਕਾਂ ਦੀ ਗੱਲ ਕਰੀ ਗਈ ਤਾਂ ਮੁਹੱਲਾ ਕਲੀਨਿਕਾਂ ਨੂੰ ਦੇਖਦੇ ਹੋਏ ਪਿੰਡ ਸਹਿਣਾ ਦੇ ਵਿੱਚ ਕੱਲ ਇੱਕ ਵਿਰੋਧ ਦਾ ਸਾਹਮਣਾ ਕਰਨਾ ਪਿਆ। ਤਾਂ ਅਸੀਂ ਅੱਜ ਪਿੰਡ ਸਹਿਣਾ ਦੇ ਵਿੱਚ ਖੜੇ ਹਾਂ, ਤੁਸੀਂ ਦੇਖ ਸਕਦੇ ਹੋ ਇੱਥੇ ਪਿੰਡ ਦੇ ਲੋਕ ਵੀ ਇਕੱਠੇ ਹੋ ਰਹੇ ਨੇ। ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹ ਮੁਹੱਲਾ ਕਲੀਨਿਕ ਚਾਹੁੰਦੇ ਨੇ ਜਾਂ ਨਹੀਂ ਚਾਹੁੰਦੇ। ਤਾਂ ਤੁਸੀਂ ਪਹਿਲਾਂ ਇਹ ਤਸਵੀਰਾਂ ਦੇਖੋ, ਇਸ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪੰਚਾਇਤ ਘਰ ਗ੍ਰਾਮ ਪੰਚਾਇਤ ਸਹਿਣਾ ਸੰਨ 2020 ਦੇ ਵਿੱਚ ਜਿਹੜਾ ਕਿ ਪੰਚਾਇਤ ਘਰ ਬਣਾਇਆ ਗਿਆ ਸੀ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦੇ ਵੱਲੋਂ। ਤਾਂ ਉਸ ਦਾ ਕੱਲ ਭਦੌੜ ਹਲਕੇ ਦੇ ਵਿਧਾਇਕ ਦੇ ਨਾਲ ਵਿਰੋਧ ਸ਼ੁਰੂ ਹੋ ਗਿਆ। ਜਿਹੜਾ ਵਿਰੋਧ ਸੀਗਾ ਉਸ ਵਿਰੋਧ ਦੇ ਵਿੱਚ ਭਦੌੜ ਹਲਕੇ ਦੇ ਵਿਧਾਇਕ ਇਹ ਕਹਿੰਦੇ ਨਜ਼ਰ ਆਏ ਨੇ ਕਿ ਤੇਰੇ ਥੱਪੜੇ ਮਾਰੇ ਜਾਣਗੇ, ਤੈਨੂੰ ਥੱਲੇ ਸੁੱਟਿਆ ਜਾਊਗਾ। ਅਜਿਹੀਆਂ ਗੱਲਾਂ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀਆਂ ਨੇ। ਤਾਂ ਅਸੀਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਜਿਵੇਂ ਇੰਡੋਜ਼ ਟੀਵੀ ਤੇ ਅਸੀਂ ਤੁਹਾਨੂੰ ਇੱਕ ਇੰਟਰਵਿਊ ਸੁਖਵਿੰਦਰ ਸਿੰਘ ਕਲਕੱਤਾ ਦੀ ਦਿਖਾਈ ਆ, ਤਾਂ ਉਸ ਇੰਟਰਵਿਊ ਦੇ ਚੱਲਦਿਆਂ ਹੀ ਅਸੀਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕਰੀ, ਪਰ ਵਿਧਾਇਕ ਦਾ ਜਿਹੜਾ ਫੋਨ ਸੀ ਉਹਨਾਂ ਦੇ ਵੱਲੋਂ ਚੁੱਕਿਆ ਨਹੀਂ ਗਿਆ, ਬਿਜੀ ਕਰ ਦਿੱਤਾ ਗਿਆ। ਤਾਂ ਅਜਿਹੀਆਂ ਜਿਹੜੀਆਂ ਕਿ ਅਸੀਂ ਗੱਲਾਂ ਬਾਤਾਂ ਅੱਜ ਇੱਥੋਂ ਦੇ ਲੋਕਾਂ ਦੇ ਨਾਲ ਕਰਾਂਗੇ। ਜਿਹੜੇ ਪਿੰਡ ਦੇ ਵਿੱਚੋਂ 4200 ਵੋਟ ਲਾਭ ਸਿੰਘ ਉਗੋਕੇ ਨੂੰ ਪਈ ਹੋਵੇ ਤਾਂ ਉਸ ਪਿੰਡ ਦੇ ਸਰਪੰਚ ਦੇ ਨਾਲ ਅਜਿਹੀ ਵਧੀਕੀ ਆਖਰ ਹੋਈ ਕਿਵੇਂ? ਤਾਂ ਅਸੀਂ ਗੱਲਬਾਤ ਕਰਦੇ ਹਾਂ, ਅੰਦਰ ਚੱਲਦੇ ਹਾਂ ਇਸ ਪੰਚਾਇਤ ਘਰ ਦੇ ਵਿੱਚ। ਬਈ ਬਹੁਤ ਬਹੁਤ ਸਵਾਗਤ ਆ ਪਹਿਲਾਂ ਤੁਹਾਡਾ। ਅਸੀਂ ਤੁਹਾਡੇ ਪਿੰਡ ਦੇ ਵਿੱਚ ਪਹੁੰਚੇ ਹਾਂ। ਜਿਹੜੀ ਕੱਲ ਵਧੀਕੀ ਹੋਈ ਆ ਉਸ ਦਾ ਕੀ ਕਾਰਨ ਸੀ, ਕਿਉਂ ਹੋਈ ਆ ਉਹ ਵਧੀਕੀ? ਜੀ ਬਹੁਤ ਜ਼ਿਆਦਾ ਬਹੁਤ ਗਲਤ ਕਰਿਆ ਜੀ ਉਹਨਾਂ ਨੇ। ਜੇ ਉਹ ਸਮੇਂ ਨੂੰ ਦੇਖਦੇ ਹੋਏ ਉਹ ਗੱਲ ਨੂੰ ਟਾਲ ਸਕਦੇ ਸੀਗੇ ਜੀ। ਉਹਨਾਂ ਨੇ ਬਹੁਤ ਗਲਤ ਕਰਿਆ। ਸਰਪੰਚ ਸਾਹਿਬ ਦੇ ਨਾਲ ਸਾਰਾ ਪਿੰਡ ਆ ਜੀ ਖੜਾ, ਤੇ ਉਹਨਾਂ ਦੀ ਬਹੁਤ ਵੱਡੀ ਇਹ ਚੀਜ਼ ਤੇ ਗਲਤੀ ਆ, ਨਲਾਇਕੀ ਆ। ਜੇ ਐਮਐਲਏ ਆਮ ਲੋਕਾਂ ਨੇ ਚੁਣ ਕੇ ਇਹੋ ਜਿਹਾ ਕੁਝ ਕਰਨਗੇ ਤਾਂ ਲੋਕ ਕਿੱਥੇ ਜਾ ਕੇ ਆਪਣੀ ਸੁਣਵਾਈ ਕਰਨਗੇ? ਬਸ ਮੈਂ ਤਾਂ ਇੰਨਾ ਕਹਿੰਦਾ ਹੋਇਆ ਜੀ। ਬਈ ਜੀ ਮੁਹੱਲਾ ਕਲੀਨਿਕ ਚਾਹੁੰਦੇ ਹੋ ਕਿਉਂਕਿ ਪਿੰਡ ਦਾ ਸਰਪੰਚ ਵੀ ਲੋਕਾਂ ਦੇ ਵੱਲੋਂ ਚੁਣਿਆ ਗਿਆ ਤੇ ਵਿਧਾਇਕ ਵੀ ਲੋਕਾਂ ਦੇ ਵੱਲੋਂ ਚੁਣਿਆ ਗਿਆ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ, ਤਾਂ ਫਿਰ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਕਿਉਂ ਭੱਜੇ ਲਾਭ ਸਿੰਘ ਉਗੋਕੇ? ਤਾਂ ਅਸੀਂ ਇੱਥੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਜੀ ਮੁਹੱਲਾ ਕਲੀਨਿਕ ਚਾਹੁੰਦੇ ਹੋ ਪਿੰਡ ਦੇ ਵਿੱਚ? ਨਹੀਂ ਚਾਹੁੰਦੇ ਜੀ। ਵਾਹਿ ਖਾਲਸਾ ਵਾਹਿ ਫਤਿਹ। ਇਹ ਗੱਲ ਸਾਰੇ ਲੋਕ ਚਾਹੁੰਦੇ ਨੇ। ਸਾਡੇ ਹਸਪਤਾਲ ਸੀਗੇ ਬਣਿਆ ਵੱਡਾ, ਹਸਪਤਾਲ ਚੱਕ ਕੇ ਸਰਪੰਚ ਸਾਹਿਬ ਕਹਿੰਦੇ ਸੀ ਇੱਥੇ ਸਾਨੂੰ ਜਗ੍ਹਾ ਦੇ ਲਓ, ਬਣੇ ਵੀ ਕਮਰੇ ਇੱਥੇ ਬਣਾ ਲਓ। ਉਹ ਤਾਂ ਇੱਕ ਜਿੱਦਬਾਜ਼ੀ ਵਾਲੀ ਗੱਲ ਆ ਜੀ। ਗਲਤ ਸਾਡਾ ਤਾਂ ਹਸਪਤਾਲ ਬਣਿਆ ਵਾ, ਹਸਪਤਾਲ ਚੱਕਦੇ ਆ, ਬਣਾਉਂਦੇ ਆ। ਅਸੀਂ ਤਾਂ ਮੰਨਦੇ ਨਹੀਂ ਇਹ ਗੱਲ ਨੂੰ। ਅਸੀਂ ਤਾਂ ਕਹਿੰਦੇ ਸਾਡੀ ਚਾਹੀਦੀ ਨਹੀਂ ਇਹ ਹਸਪਤਾਲ ਹੈਗਾ ਸਾਡੇ ਕੀ ਲੋੜ ਹੈ? ਜਿਹੜੇ ਥੱਪੜੇ ਮਾਰਨ ਦੀ ਗੱਲ ਕਰੀ ਲਾਭ ਸਿੰਘ ਉਗੋਕੇ ਦੇ ਵੱਲੋਂ, ਬਹੁਤ ਗਲਤ ਗੱਲ ਕਰੀ। ਸਾਰੇ ਪਿੰਡ ਨੂੰ ਕਿਹਾ ਜੀ ਕਿ ਸਰਪੰਚ ਥੋੜ੍ਹਾ ਕਿਹਾ ਚੁਣਿਆ ਵਾ, ਤਾਂ ਸਰਪੰਚ ਪਿੰਡ ਦਾ ਹੀ ਆ ਨਾ। ਚੁਣੇ ਬੰਦੇ ਨੂੰ ਕਹਿਣਾ, ਸਰਪੰਚ ਨੂੰ ਕਹਿਣਾ, ਤਾਂ ਸਾਨੂੰ ਕਿਹਾ, ਤਾਂ ਸਾਰੇ ਪਿੰਡ ਨੂੰ ਕਿਹਾ ਜੀ। ਹਾਂ ਗਲਤ ਕਿਹਾ ਸਾਨੂੰ, ਬਹੁਤ ਗਲਤ ਕਰਿਆ ਜੀ। ਹਾਂਜੀ ਉਹ ਕੱਲਾ ਸਰਪੰਚ ਦੇ ਥੱਪੜ ਨਹੀਂ ਵੱਜਿਆ ਜੀ ਵੀਰ ਜੀ, ਉਹ ਸਾਰੇ ਪਿੰਡ ਦੇ ਵੱਜ ਗਿਆ। ਬਾਕੀ ਉਹ ਜਿੱਥੇ ਉਹਨਾਂ ਨੇ ਮੁਹੱਲਾ ਕਲੀਨਿਕ ਬਣਾਇਆ
ਉਹ ਜਿਹੜੀ ਇਹ ਬਿਲਡਿੰਗ ਆ ਉਹ ਅੰਗਰੇਜ਼ਾਂ ਦੇ ਟਾਈਮ ਦੀ ਬਣੀ ਹੋਈ ਆ। ਉਹਦੇ ਤੇ 2 ਪੀਪੀਆਂ ਰੰਗ ਦੀਆਂ ਕਰਕੇ ਤੇ 2000 ਲੋਕੇਟ ਲਾ ਕੇ ਉਸੇ ਨੂੰ ਦੁਬਾਰੇ ਇਹਨਾਂ ਨੇ ਤਿਆਰ ਕੀਤਾ। ਜਦ ਕਿ ਸਰਪੰਚ ਸਾਹਿਬ ਨੇ ਇਹ ਗੱਲ ਆਖੀ ਸੀ ਵੀ ਤੁਸੀਂ ਬਣਾਉਣਾ ਜੀ ਸਦਕੇ ਬਣਾਓ, ਕੋਈ ਇਤਰਾਜ਼ ਨਹੀਂ ਸਾਨੂੰ, ਤੁਹਾਨੂੰ ਜਗ੍ਹਾ ਦੇ ਦਿੰਨੇ ਆ। ਜੇ ਤੁਸੀਂ ਤੁਹਾਡੇ ਕੋਲੇ ਬਣਾਉਣ ਨੂੰ ਪੈਸੇ ਨਹੀਂ ਹੈਗੇ ਅਸੀਂ ਤੁਹਾਨੂੰ ਬਣੀ ਬਣਾਈ ਬਿਲਡਿੰਗ ਦੇ ਦਿੰਨੇ ਆ। ਤੇ ਇਹਦੇ ਉੱਪਰ ਹੋਰ ਉਹਨਾਂ ਨੂੰ ਕੀ ਚਾਹੀਦਾ ਸੀ? ਜਦ ਕਿ ਸਰਪੰਚ ਸਾਹਿਬ ਨੇ ਇਹ ਕਹਿਤਾ ਸੀ 1 ਤੋਲਾ ਗੋਲਡ ਦੇ ਨਾਲ ਸਨਮਾਨਿਤ ਕਰਾਂਗੇ ਅਸੀਂ ਐਮਐਲਏ ਸਾਹਿਬ ਨੂੰ। ਹੋਰ ਇਹਦੇ ਦੇ ਉੱਪਰ ਦੀ ਉਹਨਾਂ ਨੂੰ ਕੀ ਚਾਹੀਦਾ ਸੀ? ਉਹ ਤਾਂ ਇੱਕ ਗੁੰਡਾਗਰਦੀ ਵਾਲਾ ਕੰਮ ਹੈ ਜੀ ਜਿਹੜਾ ਉਹ ਕਰਕੇ ਗਏ ਨੇ ਪਹਿਲੀਆਂ ਸਰਕਾਰਾਂ ਵਾਂਗੂ ਜਮਾ ਜੀ। ਇਹ ਤਾਂ ਪਹਿਲੀਆਂ ਦਾ ਵੀ ਰਿਕਾਰਡ ਤੋੜਤਾ, ਪਹਿਲੀਆਂ ਦੇ ਵੀ ਰਿਕਾਰਡ ਤੋੜਤਾ। ਆ ਪੱਖੋ ਇਹ ਕਹਿੰਦਾ ਜੀ ਇੱਥੇ ਫ੍ਰੀ ਟੈਸਟ ਹੋਇਆ ਕਰਨਗੇ। ਇਹਦੇ ਪਿੰਡ ਮਹੱਲਾ ਕਲੀਨਿਕ ਬਣਿਆ, ਜਾ ਕੇ ਪਹਿਲਾਂ ਉੱਥੇ ਦੇਖੋ ਵੀ ਉਹ ਕਿੰਨੇ ਕੁ ਟੈਸਟ ਹੁੰਦੇ ਆ। ਉੱਥੇ ਜਿੰਦਾ ਲੱਗਿਆ ਪਿਆ। ਪੱਖੋ ਪਿੰਡ ਆ ਜੀ, ਉੱਥੇ ਜਿੰਦਾ ਲੱਗ ਗਿਆ। ਤੇ ਇੱਥੋਂ ਜਦੋਂ ਇਹਨੇ ਮਹੱਲਾ ਕਲੀਨਿਕ ਬਣਾਇਆ ਉੱਥੇ ਸਾਡੇ ਪਿੰਡੋਂ ਡਾਕਟਰ ਚਲਾ ਗਿਆ। ਜਿਹੜਾ ਮਾੜਾ ਮੋਟਾ ਇੱਥੇ ਗਰੀਬ ਜਨਤਾ ਨੂੰ ਸਹੂਲਤ ਮਿਲਦੀ ਸੀ ਉਹ ਵੀ ਗਈ। ਜੇ ਹੁਣ ਇਹ ਲੋਕ ਦੁਨੀਆ ਉੱਪਰ ਨੂੰ ਜਾ ਰਹੀ ਹੈ, ਸਾਡੇ ਪਿੰਡ ਨੂੰ ਥੱਲੇ ਨੂੰ ਲੈ ਕੇ ਜਾ ਰਹੇ ਆ। ਇਹ 100 ਬਿਸਤਰੇ ਦਾ ਪਾਸ ਹੋਇਆ ਵਾ ਹਸਪੀਟਲ ਆ ਜੀ, ਤੇ ਬਣ ਰਿਹਾ ਮਹੱਲਾ ਕਲੀਨਿਕ। 18000 ਵੋਟ ਦਾ ਇਹ ਪਿੰਡ ਆ। ਬਿਲਕੁਲ ਹੈ ਜੀ, 18000 ਵੋਟ ਪਿੰਡ ਮਹੱਲਾ ਕਲੀਨਿਕ, ਤਾਂ ਫਿਰ ਪਿੰਡ ਕਿਹੜਾ ਰਹਿ ਜਾਊਗਾ? ਤੁਸੀਂ ਜਦੋਂ ਇਹਨਾਂ ਨੂੰ ਜਿਤਾਇਆ ਇਹ ਕਹਿੰਦੇ ਸੀ ਕਿ ਅਸੀਂ ਇੱਥੇ ਬੈਠੇ ਰਿਹਾ ਕਰਾਂਗੇ, ਸੈਣੇ ਦੇ ਵਿੱਚੋਂ ਜਾਇਆ ਨਹੀਂ ਕਰਨਾ, ਲੋਕ ਆਖਣਗੇ ਕਿ ਇੱਥੋਂ ਤੁਰ ਜਾਓ। ਬਾਈ ਜੀ ਸਾਥੋਂ ਗਲਤੀ ਇੱਕ ਬਹੁਤ ਵੱਡੀ ਇਹ ਹੋ ਚੁੱਕੀ ਆ ਜਿਹਦਾ ਅਸੀਂ ਅੱਜ ਖਮਿਆਜਾ ਭੁਗਤ ਰਹੇ ਹਾਂ ਕਿ ਅਸੀਂ ਵਿਰੋਧੀ ਧਿਰ ਹੀ ਨਹੀਂ ਰੱਖੀ। ਅਸੀਂ 92 ਦੀਆਂ 92 ਸੀਟਾਂ ਇਹਨਾਂ ਨੂੰ ਦੇ ਬੈਠੇ, ਜਦ ਕਿ ਵਿਰੋਧੀ ਧਿਰ ਹੁੰਦੀ ਤਾਂ ਅੱਜ ਇਹ ਇਹਨਾਂ ਗੱਲਾਂ ਤੇ ਨਾ ਉਤਰਦੇ, ਕਿਉਂਕਿ ਹੁਣ ਕੋਈ ਬੋਲਣ ਵਾਲਾ ਹੈ ਹੀ ਨਹੀਂ। ਇਹ ਮਨਾਹੀਆਂ ਕਰ ਰਹੇ ਆ, ਜਿੱਦਾਂ ਇਹਨਾਂ ਦੇ ਦਿਲ ਕਰਦਾ ਉਦਾਂ ਹੀ ਇਹ ਕਰਦੇ ਆ। ਬਿਲਕੁਲ ਬਈ, ਕੀ ਲੱਗਦਾ ਇਹੀ ਸੀ ਦਿੱਲੀ ਮਾਡਲ ਜਿਹੜਾ ਪਿੰਡ ਦੇ ਸਰਪੰਚ ਨੂੰ ਕਿਹਾ ਗਿਆ ਕਿ ਅਸੀਂ ਥੱਪੜ ਮਾਰ ਦਿਆਂਗੇ? ਇਹ ਬਹੁਤ ਗਲਤ ਮੰਦਭਾਗੀ ਇਹਨਾਂ ਦੀ ਉਹ ਆ ਜਿਹੜੀ ਬੋਲਿਆ, ਬਹੁਤ ਗਲਤ ਬੋਲਿਆ। ਇਹ ਸਾਰੇ ਪਿੰਡ ਦੇ ਮੂੰਹ ਤੇ ਚਪੇਟ ਮਾਰਨ ਵਾਲਾ ਕੰਮ ਕੀਤਾ ਇਹਨਾਂ ਨੇ, ਤੇ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਕੀਤਾ ਸੀਗਾ, ਵੋਟਾਂ ਪਾਈਆਂ ਸੀਗੀਆਂ। ਤੇ ਜਿਹੜਾ ਦਿੱਲੀ ਮਾਡਲ ਤਾਂ ਬਹੁਤ ਦੂਰ ਦੀ ਗੱਲ ਆ। ਇਹਨੂੰ ਪੰਜਾਬ ਦਾ ਮਾਡਲ ਵੀ ਨਹੀਂ ਰਹਿਣ ਦਿੱਤਾ। ਇਹ ਜਿਹੜਾ ਪਹਿਲਾਂ ਸਰਕਾਰਾਂ ਨੇ ਜਿਵੇਂ ਬਣਿਆ ਆ ਰਿਹਾ ਸੀਗਾ, ਬਹੁਤ ਸਾਲਾਂ ਤੋਂ ਸਾਡੇ ਸਰਕਾਰੀ ਹਸਪਤਾਲ ਬਣਿਆ ਹੋਇਆ ਸੀਗਾ, ਉਹਨੂੰ ਮੁਹੱਲਾ ਕਲੀਨਿਕ ਦੇ ਵਿੱਚ ਬਦਲ ਦਿੱਤਾ ਗਿਆ। ਇਹ ਹਾਂਜੀ ਅਸੀਂ ਤਾਂ ਇਹਨੂੰ ਚਾਹੁੰਦੇ ਨਹੀਂ ਵੀ ਸਾਡੇ ਬਣੇ, ਸਾਨੂੰ ਲੋੜ ਨਹੀਂ, ਸਾਡੇ ਹਸਪਤਾਲ ਹੈਗਾ। ਬਿਲਕੁਲ, ਤਾਂ ਪਿੰਡ ਦੇ ਲੋਕ ਹੀ ਨਹੀਂ ਚਾਹੁੰਦੇ ਕਿ ਸਾਡੇ ਮੁਹੱਲਾ ਕਲੀਨਿਕ ਬਣੇ, ਤਾਂ ਫਿਰ ਕੀ ਇਹ ਥੋਪਿਆ ਜਾ ਰਿਹਾ ਮੁਹੱਲਾ ਕਲੀਨਿਕ ਇਹਨਾਂ ਪਿੰਡ ਵਾਸੀਆਂ ਦੇ ਉੱਪਰ? ਤਾਂ ਇਹ ਵੀ ਇੱਕ ਗੱਲਬਾਤ ਕਰਾਂਗੇ। ਜਿਹੜੇ ਮੁਹੱਲਾ ਕਲੀਨਿਕਾਂ ਦਾ ਰੌਲਾ ਪਾਇਆ ਜਾ ਰਿਹਾ, ਅਸੀਂ ਕੱਲੇ ਪਿੰਡ ਦੇ ਵਿੱਚ ਜਾਵਾਂਗੇ। ਜਿਹੜੇ ਪਿੰਡਾਂ ਦੇ ਵਿੱਚ ਪਹਿਲਾਂ ਡਿਸਪੈਂਸਰੀਆਂ ਬਣੀਆਂ ਹੋਈਆਂ ਜਾਂ ਜਿਹੜੇ ਪਿੰਡਾਂ ਦੇ ਵਿੱਚ ਪਹਿਲਾਂ ਸੇਵਾ ਕੇਂਦਰ ਬਣੇ ਹੋਏ ਨੇ, ਉਹਨਾਂ ਸੇਵਾ ਕੇਂਦਰਾਂ ਦੇ ਉੱਪਰ ਕਈ ਥਾਵਾਂ ਤੇ ਰੰਗ ਮਾਰਦੇ ਹੋਏ ਅਸੀਂ ਤੁਹਾਨੂੰ ਪਹਿਲਾਂ ਵੀ ਤਸਵੀਰਾਂ ਦਿਖਾ ਦਿੱਤੀਆਂ ਨੇ। ਡਿਸਪੈਂਸਰੀਆਂ ਦੇ ਉੱਪਰ ਵੱਡੇ ਪੋਸਟਰ ਲਗਾਉਂਦੇ ਅਸੀਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਹਾਂ। ਤਾਂ ਇੱਥੇ ਲੋਕ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ। ਆਹੀ ਪਿੰਡ ਆ ਬਈ? ਹਾਂ ਜੀ, ਸਣੀ ਕੱਲ ਸਰਪੰਚ ਦੇ ਨਾਲ ਜਿਹੜੀ ਕਿ ਵਧੀਕੀ ਹੋਈ ਆ, ਆਪਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੈਗਾ। ਐਡਾ ਰੌਲਾ ਪੈ ਗਿਆ, ਪੂਰਾ ਪੰਜਾਬ ਚੱਲ ਗਿਆ ਜੀ, ਲਾਮ ਗਿਆ ਜੀ ਕੱਲ ਮੈਂ ਜੀ। ਅੱਜ ਫਿਰ ਕਿਹਦੇ ਹੱਕ ਚ ਆਏ ਹੋ ਇੱਥੇ? ਤੁਹਾਨੂੰ ਪਤਾ ਬਾਈ ਵਾਂਗੂ ਕਿਤੇ ਇਹ ਨਾ ਹੋਵੇ ਵੀ ਪਤਾ ਹੀ ਨਹੀਂ ਹੈਗਾ? ਪਤਾ ਹੈਗਾ। ਹਸਪੀਟਲ ਸਾਡੇ 2 ਆ, ਇੱਕ ਹੈਗਾ ਉਧਰ ਆਪਣਾ ਨਹਿਰ ਵਾਲੇ ਪੁਲ ਤੇ ਇੱਧਰ ਅੱਡੇ ਦੇ ਉੱਤੇ ਆ, ਇੱਕ ਇੱਧਰ ਹੈਗਾ। ਤੇ ਜਾਣੇ ਦੀ ਮੁਹੱਲਾ ਕਲੀਨਿਕ ਸਰਪੰਚ ਸਾਹਿਬ ਕਹਿੰਦੇ ਸੀ ਵੀ ਇੱਥੇ ਬਣਾ ਲਓ, ਵੀ ਉੱਥੇ ਸਾਨੂੰ ਵੱਡਾ ਡਾਕਟਰ ਦੇ ਦਿਓ, ਵੀ ਜਾਣੇ ਦੀ 28 ਬਿਸਤਰਿਆਂ ਦਾ ਹਸਪੀਟਲ ਬਣਾਓ। ਮੁਹੱਲਾ ਕਲੀਨਿਕ ਬਣਾਉਣੀ ਇੱਥੇ ਬਣਾਓ, ਨਹੀਂ ਪਿੰਡਾਂ ਦੇ ਵਿੱਚ ਬਣਾਓ। ਜਿਵੇਂ ਇਹਦਾ ਪਿੰਡ ਆ ਛੋਟੇ ਪਿੰਡ ਆ, 20,000 ਦੇ ਲਗਭਗ ਵੋਟ ਆ ਇੱਥੇ, ਤੇ ਵੀ ਸਾਨੂੰ ਵੱਡਾ ਡਾਕਟਰ ਚਾਹੀਏ। ਇਹਨਾਂ ਨੇ ਮੁਹੱਲਾ ਕਲੀਨਿਕ ਬਣਾਉਣੀ ਸੀ ਤਾਂ ਇੱਥੇ ਬਣਾ ਲੈਂਦੇ। ਸਰਪੰਚ ਨੂੰ ਬਹੁਤ ਗਲਤ ਬੋਲਿਆ ਇਹ ਬਹੁਤ ਮਾੜੀ ਗੱਲ ਆ ਉਹਦੀ। ਬਿਲਕੁਲ, ਤਾਂ ਇਹ ਵੀ ਇੱਥੇ ਦੱਸਿਆ ਜਾ ਰਿਹਾ ਕਿ ਕੱਲ ਪਿੰਡ ਦੇ ਬੰਦਿਆਂ ਨੂੰ ਫੋਰਸ ਲਗਾਈ ਗਈ ਹੈਗੀ, ਇੱਥੇ ਕਮਾਂਡੋ ਮੰਗਾਈ ਗਿਆ। ਅਜਿਹਾ ਕੁਝ ਹੋਇਆ ਇੱਥੇ? ਬਾਈ ਜੀ, ਇਹ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਇੱਕ ਐਮਐਲਏ ਆਵੇ ਉਦਘਾਟਨ ਕਰਨ ਵਾਸਤੇ ਔਰ ਬਾਹਰ ਧਰਨਾ ਲੱਗਿਆ ਹੋਇਆ, ਔਰ ਉਹਨਾਂ ਬੰਦਿਆਂ ਨੇ ਜਦੋਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਰੋਕਿਆ ਗਿਆ, ਗੇਟ ਲਾ ਦਿੱਤਾ ਗਿਆ। ਤੇ ਫਿਰ ਉਹਦਾ ਉਦਘਾਟਨ ਕਰਨ ਦਾ ਕਿਹਨੂੰ ਦਿਖਾਉਣ ਆਇਆ ਸੀ? ਉਦਘਾਟਨ ਕਰਕੇ ਉਹ ਇਕੱਲਾ ਹੀ ਕਰਕੇ ਗਿਆ, ਔਰ ਆਪਦੇ ਪ੍ਰਸ਼ਾਸਨ ਦੇ ਜ਼ੋਰ ਨਾਲ ਕਰਕੇ ਗਿਆ। ਜੇ ਆਪਾਂ ਕਹਿ ਦਈਏ ਵੀ ਉਹ ਜਨਤਾ ਦੇ ਵਿੱਚ ਆ ਕੇ ਉਦਘਾਟਨ ਕਰਕੇ ਗਿਆ, ਇਹਨੂੰ ਉਦਘਾਟਨ ਨਹੀਂ ਅਸੀਂ ਮੰਨਦੇ। ਜਿਹੜਾ ਪ੍ਰਸ਼ਾਸਨ ਦੀ ਤੁਸੀਂ ਗੱਲ ਕਰੀ ਆ, ਸੈਣੇ ਦੇ ਪੁਲਿਸ ਵਾਲੇ ਸੀਗੇ ਨਾਲ? ਸੈਣੇ ਦੇ ਵੀ ਸੀਗੇ, ਬਾਹਰ ਦੀ ਵੀ ਆਈ, ਬਰਨਾਲੇ ਤੋਂ ਵੀ ਸੀਗੇ ਜੀ। ਪੁਲਿਸ ਵਾਲੇ ਤਾਂ ਮੁਲਾਜ਼ਮ ਆਏ ਹੋਏ ਸੀਗੇ, ਤਹਿਸੀਲਦਾਰ ਸੀ, ਐਸਡੀਐਮ ਸੀ, ਆਪਣਾ ਸਿਵਲ ਸਰਜਨ ਸੀਗਾ ਜੀ। ਬਿਲਕੁਲ, ਤਾਂ ਅਸੀਂ ਇੱਥੇ ਸਿਕਿਉਰਿਟੀ ਵੀ ਆਈ ਆ, ਪੁਲਿਸ ਪ੍ਰਸ਼ਾਸਨ ਵੀ ਆਇਆ ਹੋਇਆ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸੈਣੇ ਦਾ ਜਿਹੜਾ ਐਸਐਚਓ ਆ ਉਹ ਵੀ ਇੱਥੇ ਆਇਆ ਹੋਇਆ ਮੌਜੂਦ ਆ, ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਾਂਗੇ, ਗੱਲਬਾਤ ਕਰਾਂਗੇ। ਇਸੇ ਤਹਿਤ ਹੀ ਅਸੀਂ ਅੱਜ ਜਿਹੜੀ ਪੂਰੀ ਜਿਹੜੀ ਤਸਵੀਰ ਆ ਇਹ ਪਿੰਡ ਦੇ ਲੋਕਾਂ ਦੀ ਦਿਖਾ ਰਹੇ ਹਾਂ। ਕੁਲਦੀਪ ਇਧਰਲੇ ਪਾਸੇ ਨੂੰ ਕੈਮਰਾ ਦਿਖਾ ਦੇ ਉਰੇ ਖੜ ਕੇ, ਕਿਉਂਕਿ ਸਾਰੇ ਲੋਕ ਖੜੇ ਨੇ ਇਹ
ਇਹ ਸਾਰੇ ਲੋਕ ਪਿੰਡ ਸੈਣੇ ਦੇ ਨੇ, ਜਿਹੜੇ ਪਿੰਡ ਦੇ ਵਿੱਚੋਂ ਜਿਤਾਇਆ ਗਿਆ ਹੋਵੇ, ਜਿਹੜੇ ਪਿੰਡ ਦੇ ਵਿੱਚੋਂ 4200 ਤੋਂ ਵੱਧ ਵੋਟ ਲਾਭ ਸਿੰਘ ਉਗੂਕੇ ਨੂੰ ਪਈ ਹੋਵੇ, ਤਾਂ ਉਸੇ ਪਿੰਡ ਦੇ ਸਰਪੰਚ ਨੂੰ ਅਜਿਹੀ ਗੱਲ ਕਹੀ ਗਈ ਕਿ ਅਸੀਂ ਤੇਰੇ ਥੱਪੜ ਮਾਰਾਂਗੇ, ਅਸੀਂ ਤੈਨੂੰ ਅੰਦਰ ਸੁੱਟ ਦਿਆਂਗੇ। ਅਜਿਹੀਆਂ ਗੱਲਾਂ ਕਹੀਆਂ ਗਈਆਂ। ਬਾਬਾ ਕੱਲ ਬਹੁਤ ਵਧੀਕੀ ਹੋਈ ਆ ਪਿੰਡ ਨਾਲ, ਪਤਾ ਨਹੀਂ ਤੁਹਾਨੂੰ? ਖੇਤ ਕਿਹੜਾ ਇੰਗਲੈਂਡ 'ਚ ਹੋਣਾ, ਇੱਥੇ ਹੀ ਖੇਤ ਆ ਪਿੰਡ ਦੇ ਵਿੱਚ। ਪਤਾ ਤਾਂ ਹੋਊ ਮਾੜਾ ਮੋਟਾ ਵੀ ਕੀ ਗੱਲਬਾਤ ਹੋਈ ਆ, ਪਤਾ ਨਹੀਂ ਬਈ ਤੁਹਾਨੂੰ ਪਤਾ ਕੁਛ? ਹਾਂਜੀ, ਬਹੁਤ ਮੰਦਭਾਗੀ ਗੱਲ ਹੈ ਜੀ ਇਹ, ਜਿਹੜੀ ਸਰਪੰਚ ਨੂੰ ਥੱਪੜ ਮਾਰਨ ਵਾਲੀ ਗੱਲ ਕਹੀ ਗਈ ਉਹਨਾਂ ਦੇ ਵਾਸਤੇ, ਤੇ ਗਲਤ ਆ ਜੀ ਪਿੰਡ ਲਾਭ ਸਿੰਘ ਉਗੂਕੇ ਵਾਸਤੇ ਜੀ। ਤੇ ਉਹ ਹਸਪੀਟਲ ਤਾਂ ਮਸਾ ਹਸਪੀਟਲ ਮਿਲਿਆ ਹੋਇਆ ਜੀ, ਉਸ ਨੂੰ ਕਿੱਥੇ ਅਪਗ੍ਰੇਡ ਕਰਕੇ ਵੱਡਾ ਕਰਨਾ ਚਾਹੀਦਾ ਸੀਗਾ ਜੀ, ਉਹਨੂੰ ਨੀਚੇ ਲੈ ਕੇ ਆ ਰਿਹਾ, ਥੱਲੇ ਆ ਗਿਆ। ਉੱਥੇ ਇਹ ਵੀ ਕਿਹਾ ਗਿਆ ਵੀ ਉਹਨਾਂ ਨੂੰ ਜਗ੍ਹਾ ਪਾਸੇ ਤੇ ਜਗ੍ਹਾ ਦੇ ਦਿੰਦੇ ਹੈਗੇ, ਵੀ ਕਿਤੇ ਵੀ ਬਣਾ ਲਓ ਪਾਸੇ ਤੇ ਜਗ੍ਹਾ, ਜੇ ਨਹੀਂ ਤੁਹਾਡੇ ਕੋਲ ਇਹ ਜਗ੍ਹਾ ਪਈ ਬਿਲਡਿੰਗ ਵੀ ਦੇ ਦਿੰਦੇ ਹੈਗੇ। ਇਸ ਕਰਕੇ ਉਹਨੂੰ, ਤੇ ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਪਹਿਲਾਂ ਕਿਹਾ ਜੀ ਵੀ 17 ਬਿਸਤਰੇ ਦਾ ਹਸਪਤਾਲ ਦੇਵਾਂਗੇ, ਤੇ ਇਸ ਗੱਲ ਤੇ ਉਹ ਗਰਮ ਹੋ ਗਿਆ ਵੀ ਉਦੋਂ ਥੱਪੜ ਮਾਰ ਕੇ ਉਹਨੂੰ ਅੰਦਰ ਛੱਡ ਦਿਆਂਗੇ, ਤੇ ਬਹੁਤ ਗਲਤ ਗੱਲ ਹੈ ਜੀ। ਬਿਲਕੁਲ, ਤਾਂ ਹਰ ਕੋਈ ਇਹੀ ਕਹਿ ਰਿਹਾ ਕਿ ਬਹੁਤ ਗਲਤ ਗੱਲ ਹੈ। ਇੱਥੇ ਅਸੀਂ ਨੌਜਵਾਨਾਂ ਦੇ ਨਾਲ ਵੀ ਗੱਲ ਕਰਾਂਗੇ, ਇੱਥੇ ਬਜ਼ੁਰਗਾਂ ਦੇ ਨਾਲ ਜਿੱਥੇ ਅਸੀਂ ਗੱਲ ਕਰ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ ਪੰਚਾਇਤ ਘਰ ਦੀ। ਜਿਹੜੇ ਪੰਚਾਇਤ ਘਰ ਦੇ ਉੱਪਰ ਜਦੋਂ ਅਸੀਂ ਸੁਖਵਿੰਦਰ ਸਿੰਘ ਕਲਕੱਤੇ ਦੇ ਨਾਲ ਗੱਲ ਕਰੀ, ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਪਿੰਡ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਇਸ ਪੰਚਾਇਤ ਘਰ ਦੇ ਉੱਪਰ ਲਗਾਏ ਨੇ। ਸਰਕਾਰ ਦੇ ਵੱਲੋਂ ਜੋ ਫੰਡ ਆਇਆ ਸੀ, ਪਹਿਲੀਆਂ ਸਰਕਾਰਾਂ ਦੇ ਵੱਲੋਂ ਉਹ ਫੰਡ ਵੱਖਰਾ ਸੀ, ਪਰ ਅਸੀਂ ਪਿੰਡ ਦੇ ਵਿੱਚੋਂ ਵੀ ਪੈਸੇ ਇਕੱਠੇ ਕਰਕੇ ਇਸ ਨੂੰ ਇੱਕ ਪੰਚਾਇਤ ਘਰ ਦਾ ਰੂਪ ਦਿੱਤਾ। ਬਾਈ ਨੌਜਵਾਨ ਨੂੰ ਕੱਲ ਜਿਹੜੀ ਘਟਨਾ ਵਾਪਰੀ ਤੁਹਾਡੇ ਪਿੰਡ ਦੇ ਵਿੱਚ, ਉਸ ਬਾਰੇ ਜਾਣੂ? ਹਾਂਜੀ, ਜਾਣੂਗਾ। ਕੀ ਲੱਗਦਾਗਾ ਪਿੰਡ ਦੇ ਲੋਕਾਂ ਨੇ ਇੰਨਾ ਮਾਣ ਸਨਮਾਨ ਦਿੱਤਾ ਤੇ ਉਹਨਾਂ ਨੇ ਤੁਹਾਨੂੰ ਮਾਣ ਸਨਮਾਨ ਦਾ ਜਵਾਬ ਦਿੱਤਾ ਐਮਐਲਏ ਨੇ? ਨਹੀਂ ਜੀ, ਅਸੀਂ ਮਤਾ ਹੀ ਪਤਾ ਸੀ ਕਾਰਵਾਈ 'ਚ ਵੀ ਅਸੀਂ ਜਗ੍ਹਾ ਦੇਣ ਨੂੰ ਇੱਥੇ ਵੀ ਤਿਆਰ ਸੀਗੇ ਜੀ, ਤੇ ਉਹਨਾਂ ਨੇ ਕੱਲ ਜੋ ਕੀਤਾ ਜੀ ਮਾੜਾ ਕੀਤਾ ਜੀ। ਉਹ ਸਰਪੰਚ ਸਾਹਿਬ ਅੰਦਰ ਬੈਠੇ ਨੇ, ਸਰਪੰਚ ਸਾਹਿਬ ਦੇ ਨਾਲ ਸਾਡੀ ਗੱਲਬਾਤ ਹੋਈ ਸੀ। ਸਰਪੰਚ ਸਾਹਿਬ ਨੂੰ ਕਾਫੀ ਜਿਹੜਾ ਕਿ ਭਾਵੁਕ ਵੀ ਹੋਏ ਨੇ ਰਾਤ ਸਾਡੇ ਕੋਲ ਬੈਠੇ। ਮੈਂ ਜੀ ਪੰਚਾਇਤ ਮੈਂਬਰ ਆ, ਮੈਂ ਵੀ ਪੰਚਾਇਤ 'ਚ ਹੀ ਹਾਂ ਜੀ, ਜ਼ਿਆਦਾ ਬੋਲ ਲਿਆ ਨਹੀਂ ਜੀ, ਬਾਕੀ ਇੱਧਰ ਵਿਊ ਲੈ ਲਓ ਜੀ ਇਹਨਾਂ ਦੇ। ਬਿਲਕੁਲ, ਤਾਂ ਇਹ ਜਿਹੜੀ ਅਸੀਂ ਮੁਲਾਕਾਤ ਇੱਥੇ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਇੱਥੇ ਹਰ ਇੱਕ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਬਾਬਾ ਕੱਲ ਜਿਹੜਾ ਕੁਝ ਵਾਪਰਿਆ ਇੱਥੇ, ਕੱਲ ਤੁਸੀਂ ਮੌਜੂਦ ਸੀ, ਇੱਥੇ ਹੈਗੇ ਸੀਗੇ? ਅਸੀਂ ਲੇਟ ਗਏ ਆ ਜੀ ਬਾਵਾ। ਹਾਂ, ਉਦੋਂ ਜਾਂਦਿਆਂ ਨੂੰ ਕੰਮ ਚੱਲੀ ਜਾਂਦਾ ਸੀਗਾ। ਉਹ ਕਹਿੰਦੇ ਵੀ ਅਸੀਂ ਉਹ ਛੋਟਾ ਕਰਨਾ ਹੈ, ਅਸੀਂ ਕਹਿੰਦੇ ਵੀ ਇਹ ਤਾਂ ਕੰਮ ਤੁਹਾਡਾ ਠੀਕ ਨਹੀਂ ਆ, ਤੁਸੀਂ ਇਹਨੂੰ ਇਹ ਤੋਂ ਵੱਡਾ ਬਣਾਓ। ਭਗਵੰਤ ਮਾਨ ਇੱਥੇ ਵਾਅਦਾ ਵੀ ਕਰਕੇ ਗਿਆ ਸੀ, ਕਹਿੰਦਾ ਮੈਂ 25 ਬਿਸਤਰਿਆਂ ਦਾ ਹਸਪਤਾਲ ਬਣਾਊਂ। ਇਹ ਵੀ ਸਟੇਜ ਤੇ ਬੋਲ ਕੇ ਗਿਆ ਸੀ। ਜੋ ਕੱਲ ਸਰਪੰਚ ਨੇ ਕਿਹਾ, ਕਹਿੰਦਾ ਇਹ ਕੀ ਕਰ ਰਹੇ ਹੋ, ਉਹ ਸਰਪੰਚ ਨੂੰ ਪੁੱਠਾ ਬੋਲਿਆ, ਕਹਿੰਦਾ ਤੇਰੇ ਮਾਰ ਕੇ ਲਫੇੜੇ ਤੈਨੂੰ ਅੰਦਰ ਛੱਡਿਆ ਹੋਵੇ, ਤੈਨੂੰ ਫੇਰ ਪਤਾ ਲੱਗੇ। ਜਾਣੇ ਸਾਨੂੰ ਪਿੰਡ ਨੂੰ ਵਿਆਹ ਵਰਗਾ ਲੱਗਿਆ ਵੀ ਸਾਡੇ ਪਿੰਡ 'ਚ ਇਹੋ ਜਿਹਾ ਬੰਦਾ ਆਉਣਾ ਨਹੀਂ ਚਾਹੀਦਾ ਮੁੜ ਕੇ। ਬਾਈ ਇੰਨੀ ਗੱਲ ਹੀ ਸੁਣੀ ਆ ਜੀ। ਉਹ ਤਾਂ ਕਹਿੰਦੇ ਰਹਿੰਦੇ ਸੀਗੇ ਵੋਟਾਂ ਤੋਂ ਪਹਿਲਾਂ ਕਿ ਸਰਕਾਰ ਆ ਜਿਹੜੀ ਆ ਸੱਥਾਂ 'ਚੋਂ ਚੱਲਿਆ ਕਰੂਗੀ, ਆ ਲੋਕਾਂ ਨਾਲ ਅਸੀਂ ਗੱਲ ਆ ਕੇ ਕਰਿਆ ਕਰਾਂਗੇ, ਸਲਾਹ ਮਸ਼ਵਰੇ ਕਰਿਆ ਕਰਾਂਗੇ। ਤੁਹਾਡੇ ਨਾਲ ਕਰੀਏ ਗੱਲ ਸਲਾਹ? ਕੋਈ ਸਲਾਹ ਕਿਹਨੇ ਕਰਨੀ ਸੀਗੀ ਜੀ, ਸਾਡੇ ਤਾਂ ਹਸਮਾਂ ਪੈਰਾਂ ਨੂੰ ਪਾਉਂਦੇ ਆ, ਵੱਡਿਆਂ ਤੋਂ ਚੀਜ਼ਾਂ ਛੋਟੀਆਂ ਬਣਾਉਂਦੇ। ਅਸੀਂ 25 ਬਿਸਤਰਿਆਂ ਦਾ ਹਸਪਤਾਲ ਦੀ ਬਿੱਡ ਕਰਦੇ ਆ, ਉਹਨਾਂ ਨੇ ਉਹ ਵੀ ਚੱਕਣ ਦੀ ਕੋਸ਼ਿਸ਼ ਕਰਦੇ। ਜਿਹੜੀ ਸਰਕਾਰ ਕਹਿੰਦੀ ਸੀ ਤੁਹਾਡੇ ਧੀਆਂ ਪੁੱਤਾਂ ਆਮ ਲੋਕਾਂ ਨਾਲ ਚੱਲਾਂਗੇ, 24 ਘੰਟੇ ਤੁਹਾਡੇ ਨਾਲ ਰਹਾਂਗੇ, ਨਾਲ ਸਾਡੇ ਕਿਹਨੇ ਰਹਿਣਾਗਾ? ਸਰਕਾਰ ਤਾਂ ਕੋਈ ਵੀ ਨਹੀਂ, ਇਹ ਤਾਂ ਮੌਕੇ ਤੇ ਆਓ ਛੱਡ ਕੱਢੀ ਸਾਧ ਵੇਚ ਤੇਰੇ ਮਗਰ ਤੂੰ ਕੌਣ ਮੈਂ ਕੌਣ। ਵੋਟਾਂ ਦਾ ਮਸਲਾ ਸੀਗਾ, ਉਹ ਐਂ ਕਹਿ ਕੇ ਲੈ ਲਈਆਂ। ਕੋਈ ਉਹਨਾਂ ਨੂੰ ਕੋਈ ਚੰਗਾ ਆਇਆ ਨਹੀਂ ਪ੍ਰੋਜੈਕਟ ਕਿਸੇ ਹਿਸਾਬ ਦਾ ਵੀ ਆਹ ਚੰਗਾ ਆਇਆ ਹੋਵੇ। ਉਹ ਕਹਿੰਦੇ ਸੀਗੇ ਅਸੀਂ 5 ਸਾਲਾਂ ਬਾਅਦ ਵੋਟ ਨਹੀਂ ਮੰਗਣਾ ਆਵਾਂਗੇ ਜੇਕਰ ਸਾਡਾ ਕੋਈ ਗਲਤ ਕੰਮ ਹੋਇਆ। ਹੁਣ ਆਉਣਗੇ ਵੋਟਾਂ ਮੰਗਣ, ਫਿਰ ਕੀ ਉਹਨਾਂ ਨੂੰ ਪੁੱਛੋਗੇ ਕੋਈ ਗੱਲ? ਤਾਂ ਪਿੰਡ 'ਚ ਵੀ ਨਹੀਂ ਵੜਨ ਦਿੰਦੇ ਜੀ ਉਹੋ ਜਿਹੇ ਬੰਦੇ ਨੂੰ ਵੀ ਸਾਡੇ ਪਿੰਡ 'ਚ ਖੁਸ਼ੀ ਆਵੇ। ਸਾਰਾ ਪਿੰਡ ਹੀ ਬਾਈਕਾਟ ਕਰੂਗਾ, ਵਾਢਿਆਂ ਲਾ ਉਹਨਾਂ ਦਾ। ਸਾਡਾ ਸਰਪੰਚ ਚੁਣਿਆ ਵਾ, ਸਾਰੇ ਪਿੰਡ ਦਾ ਚੁਣਿਆ ਵਾ। ਇਹ ਥੋੜ੍ਹਾ ਵੀ ਉਹਨੂੰ ਜਦੋਂ ਉਹਦੀ ਹੱਦ ਕਰ ਗਿਆ ਬਾਕੀ ਕੀ ਰਹਿ ਗਿਆ ਪਿੱਛੇ ਸਾਡੇ ਕੋਲੇ। ਅਸੀਂ ਨਹੀਂ ਇਹ ਚੀਜ਼ ਨੂੰ ਚੰਗਾ ਚਾਹੁੰਦੇ। ਅਸੀਂ ਗਾਹਾਂ ਨੂੰ ਇਹੋ ਜਿਹੇ ਬੰਦੇ ਨੂੰ ਮੱਥੇ ਵੀ ਨਹੀਂ ਲਾ ਕੇ ਰਾਜੀ। ਵੋਟ ਤਾਂ ਪਾਉਣੀ ਕੀ ਆ, ਪਿੰਡ ਹੀ ਨਹੀਂ ਪਾਉਂਦਾ ਸਾਡਾ ਸਾਰਾ। ਜੀ ਬਿਲਕੁਲ। ਬਾਬਾ ਜੀ ਤੁਸੀਂ ਪਤਾ ਹੋਊ ਤੁਹਾਨੂੰ ਘਟਨਾ ਬਾਰੇ? ਉਹ ਤਾਂ ਪਤਾ ਹੀ ਲੱਗ ਗਿਆ ਹੋਣਾ ਘਟਨਾ ਬਾਰੇ। ਫਿਰ ਕੀ ਜਿਵੇਂ ਬਾਬੇ ਨੇ ਕਿਹਾ ਸੀ ਤਾਂ ਪਿੰਡ ਦੇ ਵਿੱਚ ਨਹੀਂ ਵੜਨ ਦਿੰਦੇ ਤੁਸੀਂ, ਫਿਰ ਇਹ ਸਾਰੇ ਪਾਸੇ ਇੱਕੋ ਹੀ ਕਾਨੂੰਨ ਹੁਣ ਲਾਗੂ ਹੁੰਦਾ ਜੀ। ਹਾਂਜੀ, ਕੋਈ ਵੀ ਨਹੀਂ ਬੰਦਾ ਚਾਹੁੰਦਾ ਹੁੰਦਾ ਮਾੜੇ ਬੰਦੇ ਨੂੰ, ਕੋਈ ਵੀ ਨਹੀਂ ਚਾਹੁੰਦਾ ਹੁੰਦਾ। ਹਮੇਸ਼ਾ ਚੰਗੇ ਬੰਦੇ ਦੀ ਜਿੱਤ ਹੁੰਦੀ ਹੈਗੀ, ਉਸ ਨੂੰ ਚਾਹੁੰਦਾ ਅਗਲਾ। ਹਾਂਜੀ, ਅਫਸੋਸ ਹੁੰਦਾ ਕਿ ਇੱਥੇ ਸਤਨਾਮ ਰਾਹੀ ਖੜੇ ਹੋਏ ਸੀ, ਚਰਨਜੀਤ ਚੰਨੀ ਖੜੇ ਹੋਏ ਸੀ, ਵੀ ਉਹਨਾਂ ਨੂੰ ਹੀ ਵੋਟ ਪਾ ਦਿੰਦੇ ਤੂੰ ਤਾਂ। ਇਹ ਤਾਂ ਮਗਰ ਤਾਂ ਪਛਤਾਉਂਦਾ ਹੀ ਆ ਜੀ ਅਗਲਾ। ਪਹਿਲਾਂ ਉਦੋਂ ਦੇਖਦਾ ਵੀ ਬਲਦਾ ਲਿਆਉਣਾ ਵੀ ਗਾਉਣੀ ਕਿੰਨੇ ਕੁ ਚੰਗੇ ਹੋਣਗੇ, ਪਰ ਐ ਨਹੀਂ ਪਤਾ ਸੀ ਵੀ ਉਦੋਂ ਵੀ ਛੰਦ ਨਿਕਲਿਆ। ਇਹ ਤਾਂ ਹੁਣ ਦੀਂਦਾ ਹੀ ਆ ਸਾਨੂੰ ਵੀ ਉਦੋਂ ਵੀ ਚੰਦ ਟੱਕਰੇ ਆ। ਉਹਨਾਂ ਨੂੰ ਕੋਈ ਜਾਣੇ ਚੰਗਾ ਨਹੀਂ ਕੰਮ ਹੋਇਆ ਇਹਨਾਂ ਤੋਂ ਅਜੇ ਤੱਕ। ਗਾਹਾਂ ਦੇਖੋ ਕੀ ਕਰਦੇ ਆ ਕੀ ਨਹੀਂ ਕਰਦੇ।
ਆ ਗਿਆ ਬਦਲਾਅ ਫਿਰ? ਕੱਲ ਕਹਿੰਦੇ ਤੁਹਾਡੇ ਪਿੰਡ ਦੇ ਵਿੱਚ ਕਾਫੀ ਬਦਲਾਅ ਆ ਗਿਆ। ਤਾਂ ਪੂਰੇ ਦਰਜੇ ਦਾ ਹੀ ਆ ਗਿਆ ਜੀ, ਇਹ 'ਚ ਕੋਈ ਸ਼ੱਕ ਨਹੀਂ ਰਹੀ। ਉਹਨੂੰ ਪੁਲਿਸ ਲੈ ਕੇ ਨਿਕਲ ਗਈ, ਨਾਲ ਦੀ ਨਾਲ ਗੱਡੀਆਂ ਹੋਰ ਮੰਗਾ ਲਈਆਂ, ਨਹੀਂ ਤਾਂ ਉਹਨੂੰ ਸੋਧ ਦੇਵੇਂ ਕਹਿੰਦੀ ਅਸੀਂ ਸਮਾਨ ਪਾਉਂਦੇ ਜਿੰਨੇ ਜੋਗਰੇ ਸੀਗੇ, ਅਸੀਂ ਬਖਸ਼ਦੇ ਨਹੀਂ ਸੀਗੇ। ਇੱਕ ਬੰਦਾ ਕੱਲ ਤਾਂ ਸਾਨੂੰ ਹੱਥ ਬੰਨ੍ਹ ਕੇ ਵੋਟਾਂ ਮੰਗਦਾ ਮੇਰੀ ਮਦਦ ਕਰੋ, ਅਗਲੇ ਦਿਨ ਸਾਨੂੰ ਆ ਕੇ ਲਫੇੜੇ ਦਿਖਾਉਂਦਾ, ਕਹਿੰਦਾ ਤੁਹਾਨੂੰ ਜੇਲ੍ਹ 'ਚ ਸਿੱਟਿਆ ਹੋਵੇ, ਫਲਾਨਾ ਕਰਿਆ ਹੋਵੇ। ਉਹਨੂੰ ਅਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ? ਨਹੀਂ ਕਰਦੇ। ਬਿਲਕੁਲ। ਤਾਂ ਅਸੀਂ ਅੱਗੇ ਚੱਲਦੇ ਹਾਂ। ਇੱਧਰ ਕਾਫੀ ਸਾਡੇ ਨਾਲ ਜੁੜੇ ਹੋਏ ਨੇ ਬਜ਼ੁਰਗੋ। ਕਿੰਨੀ ਕੁ ਉਮਰ ਹੋ ਗਈ ਤੁਹਾਡੀ? ਅੱਜ ਇੱਥੇ ਬੈਠੇ ਹੋਗੇ, ਪਤਾ ਮਸਲੇ ਦਾ ਪੂਰੇ ਦਾ? ਨਹੀਂ ਜੀ, ਆਪਾਂ ਨੂੰ ਨਹੀਂ ਕੋਈ ਪਤਾ ਹੈ। ਅੱਜ ਇੱਥੇ ਸੱਦਿਆਗਾ ਤੁਹਾਨੂੰ, ਕਹਿੰਦੇ ਕਿ ਕੱਲ ਸਰਪੰਚ ਨੂੰ ਕਾਫੀ ਕੁਝ ਬੋਲ ਗਿਆ। ਸਰਪੰਚ ਨੂੰ ਬਹੁਤ ਕੁਝ ਬੋਲ ਗਿਆ ਜੀ, ਇਕੱਲੇ ਸਰਪੰਚ ਨੂੰ ਸਾਰੇ ਪਿੰਡ ਨੂੰ ਬੋਲ ਗਿਆ। ਸਾਨੂੰ ਬਹੁਤ ਮਾੜਾ ਬੰਦਾ ਇਹ, ਵੀ ਅਸੀਂ ਇਹਨੂੰ ਗਾਹਾਂ ਵਾਸਤੇ ਪਿੰਡ 'ਚ ਵੜਨ ਨਹੀਂ ਦਿੰਦੇ। ਬਸ ਆਪਣੀ ਉਮਰ ਦੇ ਵਿੱਚ ਕਦੇ ਦੇਖਿਆ ਸੀ ਇਹੋ ਜਿਹਾ ਕੁਝ ਐਮਐਲਏ ਵੱਲੋਂ ਸਰਪੰਚ ਨੂੰ ਬੋਲਿਆ ਗਿਆ ਹੋਵੇ? ਅਸੀਂ ਇਹੋ ਜਿਹਾ ਬੰਦਾ ਅੱਜ ਤੱਕ ਦੇਖਿਆ ਹੀ ਨਹੀਂ ਸੀ। ਇਹ ਕਹਿੰਦਾ ਸੀ ਵੀ ਬਦਲਾਓ ਕਰੂੰਗਾ। ਹੁਣ ਥਾਂ ਥਾਂ ਤਾਂ ਚੋਰੀਆਂ ਹੋਈ ਜਾਂਦੀਆਂ, ਥਾਂ ਥਾਂ ਕੋ ਜਿੱਥੇ ਮਰਜ਼ੀ ਲੁੱਟ ਖੋਹ ਹੋਈ ਜਾਂਦੀ ਆ। ਆ ਸਾਡੇ ਪਿੰਡਾਂ ਵਾਲੇ ਰਾਹ ਦੇ ਵਿੱਚ ਕੋਈ ਨਹੀਂ ਲੰਘਣ ਦਿੰਦਾ ਹੈ। ਇਹਦੇ ਰਾਜ ਦੇ ਵਿੱਚ ਬਦਲਾਓ ਹੋਇਆ ਵਾ। ਕੁਲਚਿਆਂ ਵਾਲੇ ਤੋਂ ਵੀ ਪੈਸੇ ਖੋਹੀ ਜਾਂਦੇ ਆ। ਕੁਲਚਿਆਂ ਵਾਲੇ ਤੋਂ ਵੀ? ਹਾਂ, ਜਿਹੜਾ ਕੁਲਚਿਆਂ ਵਾਲਾ ਬੰਦਾ ਨਾ ਉਸ ਤੋਂ ਵੀ ਪੈਸੇ ਖੋਲੇ ਇਹਦੇ ਰਾਜ ਦੇ ਵਿੱਚ। ਜਿਹੜਾ ਕਹਿੰਦਾ ਸੀ ਵੀ ਬਦਲਾਓ ਹੋਊਗਾ, ਵੀ ਬਦਲਾਓ ਹੋਈ ਜਾਂਦਾ। ਹੁਣ ਇੱਥੋਂ ਘਰ ਤੱਕ ਜਾਣ ਦਾ ਕੋਈ ਪਤਾ ਨਹੀਂ ਵੀ ਜਾਣ ਦੇਊਗਾ ਕੋਈ ਕਿ ਨਾ ਜਾਣ ਦੇਊਗਾ। ਇੰਨਾ ਇਹ ਰਾਜ ਪੁੱਠਾ ਆ ਜਿੰਨਾ ਵੀ ਕਹਦੇ। ਅਸੀਂ ਇਹਨੂੰ ਗਾਹਾਂ ਵਾਸਤੇ ਪਿੰਡ 'ਚ ਨਹੀਂ ਵੜਨ ਦੇ। ਵੋਟ ਤਾਂ ਅਸੀਂ ਇਹਨੂੰ ਐਤਕੀ ਵੀ ਨਹੀਂ ਸੀ ਪਾਈ, ਅਸੀਂ ਤਾਂ ਹੋਰਾਂ ਲੋਕਾਂ ਨੇ ਪਾਈਆਂ ਜਾਣੀ ਦੀ। ਅਸੀਂ ਤਾਂ ਇਹਨੂੰ ਜ਼ਿੰਦਗੀ ਭਰ ਹੀ ਨਹੀਂ ਪਾਉਂਦੇ। ਇੰਨਾ ਰਾਜ ਇਹ ਪੁੱਠਾ ਸੀ। ਚੰਨੀ ਹੋਰੇ ਖੜੇ ਹੋਏ ਸੀ ਇੱਥੋਂ। ਚੰਨੀ ਹੋਰੇ ਹੋਏ ਸੀਗੇ। ਇਦੋਂ ਤਾਂ ਅਸੀਂ ਜੇ ਚੰਨੀ ਹੋਰਾਂ ਨੂੰ ਪਾਉਂਦੇ ਉਹ ਇਦੋਂ 100 ਗੁਣੇ ਚੰਗੇ ਸੀ। ਇਹਨਾਂ ਜਿੰਨਾ ਤਾਂ ਬੰਦਾ ਮਾੜਾ ਤਾਂ ਅਜੇ ਤੱਕ ਜੰਮਿਆ ਹੀ ਨਹੀਂ। ਹੋਰ ਤਾਂ ਕੀ ਹੈਗਾ, ਇਦੋਂ ਗਾਹਾਂ ਤਾਂ ਕੋਈ ਜੰਮੂਗਾ ਕੀ? ਅਸੀਂ ਤਾਂ ਬਾਹਲੇ ਵਿਰੁੱਧ ਹੋਏ ਬੈਠੇ ਹਾਂ। ਕੇਵਲਾਂ ਸਾਡੀਆਂ ਨਹੀਂ ਰਹਿੰਦੀਆਂ, ਹੋਰ ਕੁਛ ਸਾਡਾ ਨਹੀਂ ਰਹਿੰਦਾ ਹੈ। ਖੇਤਾਂ 'ਚੋਂ ਕੁੱਲ ਬੰਦੇ ਦੇ ਸਿੰਡੀਕੇਟ 'ਚ ਕਬਾਤੇ ਇਹਦੇ ਰਾਜ ਦੇ ਵਿੱਚ। ਕੁੱਲ ਬੰਦੇ ਨੇ ਲਿਆ ਕੇ ਘਰੀ ਆਪਦੇ ਭੋਰਾ ਘਰ ਹੈ ਉਹਨਾਂ ਦੇ ਵਿੱਚ ਲਿਆ ਕੇ ਸਿੰਡੀਕੇਟ ਲਾਈ ਬੈਠੇ ਆ। ਐਂ ਨਹੀਂ ਪਤਾ ਵੀ ਜਾਂਦਿਆਂ ਨੂੰ ਖੇਤ ਭਾਵੇਂ ਨੇ ਟੋਕੇ ਵੀ ਨਹੀਂ ਹੋਣੇ ਜਾਂ ਪਟਾਬ ਨਹੀਂ ਹੋਣਾ ਜਾਂ ਕੁਛ ਵੀ ਨਹੀਂ ਹੋਣਾ। ਕੋਈ ਰਾਜਾ ਬਾਬੂ ਨੂੰ ਜੇ ਕਿਤੇ ਜਾਹਾ ਉੱਥੇ ਥਾਣੇ 'ਚ ਉਹ ਕਹਿੰਦੇ ਨਾ ਤਰੋ, ਨਾ ਕਿਹਦਾ ਤਰ ਗਏ, ਅਸੀਂ ਤਾਂ ਉਦੋਂ ਪਏ ਹੁੰਦੇ। ਬਸ ਇੰਨਾ ਕੀ ਕੁਛ ਕਹਿਣ ਜਾਣਦੇ ਜੀ ਅਸੀਂ ਤਾਂ। ਪੈਸੇ ਪੂਸੇ ਤਾਂ ਨਹੀਂ ਜੇਬ 'ਚ ਰੱਖਦੇ ਤੁਸੀਂ? ਕਿਤੇ ਭੱਜਿਆ ਵੀ ਨਹੀਂ ਨਾ? ਅਸੀਂ ਡੱਕਾ ਨਹੀਂ ਰੱਖਦੇ ਨਾ, ਸਾਥੋਂ ਭੱਜਿਆ ਜਾਂਦਾ। ਸਾਥੋਂ ਕਰਮ ਨਹੀਂ ਤੁਰਨ ਦਿੰਦੇ, ਉਹਦੀ ਖੋਲਣਗੇ। ਸਾਨੂੰ ਤਾਂ ਕਰਮ ਨਹੀਂ ਤੁਰਨ ਦਿੰਦੇ, ਉਹਦੀ ਖੋਲਣਗੇ। ਆ ਸੋਟੀ ਰੱਖੀ ਆ, ਸੋਟੀ ਸਹਾਰਾ ਨਹੀਂ ਬਣਦੀ ਫਿਰ? ਉਹ ਸੋਟੀ ਕੁਛ ਨਹੀਂ, ਉਹਦੇ ਉਹਨਾਂ ਕੋਲੇ ਦਾਅ ਹੁੰਦੇ ਆ। ਇਹ ਸੋਟੀ ਤਾਂ ਸਾਨੂੰ ਪਰੇ ਹੀ ਸਿੱਟਣੀ ਪੈਂਦੀ ਆ। ਇਹ ਤਾਂ ਇਕੱਲਾ ਮਾੜਾ ਜਿਹਾ ਤੁਰਨ ਦੀ ਖਾਤਰ ਹੀ ਆ ਬਸ। ਪੈਸਾ ਪੂਸਾ ਨਹੀਂ ਕਿਸੇ ਕੋਲੇ ਛੱਡਦੇ। ਪੈਸੇ ਵਾਲੀ ਤਾਂ ਸਰਕਾਰ ਹੀ ਖਤਮ ਹੈ। ਪੈਸਿਆਂ ਨੂੰ ਤਾਂ ਫਿਰਦੇ ਆ। ਬਸ ਇੰਨਾ ਕੁਛ ਕਹਿਣੀ ਚਾਹੁੰਦੇ ਸੀ ਜੀ। ਤਾਂ ਅਸੀਂ ਅੱਗੇ ਚੱਲਦੇ ਹਾਂ। ਇੱਧਰ ਹਾਂਜੀ, ਐਸਐਚਓ ਸਾਹਿਬ ਨਾਲ ਸੀਗੇ ਕੱਲ? ਤਾਂ ਇੱਧਰ ਪ੍ਰਸ਼ਾਸਨ ਵੀ ਬੈਠਾ ਸੀ। ਫਿਰ ਇਹਨਾਂ ਲੋਕਾਂ ਕੋਲ ਆਉਣੇ ਆ, ਸਾਡੇ ਕੋਲ ਮੌਜੂਦ ਆ। ਅਸੀਂ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਾਂਗੇ। ਐਸਐਚਓ ਸਾਹਿਬ, ਤੁਸੀਂ ਕੱਲ ਨਾਲ ਸੀਗੇ ਜਿਹੜੀ ਘਟਨਾ ਵਾਪਰੀ ਆ ਇੱਥੇ ਹੋਇਆ ਜੋ ਕੁਝ ਹੋਇਆ? ਤੁਸੀਂ ਕੱਲ ਨਾਲ ਸੀਗੇ? ਹਾਂਜੀ, ਜਿਹੜਾ ਇੱਥੇ ਕੱਲ ਵਿਧਾਇਕ ਦੇ ਨਹੀਂ, ਆਪਾਂ ਵੀ ਗੱਲ ਬਹੁਤ ਬਾਹਲੀ ਜ਼ਰੂਰੀ ਆ ਗੱਲ ਜਿਹੜੀ ਆਪਾਂ ਕਰ ਰਹੇ ਹਾਂ। ਲੋਕਾਂ ਦੀ ਮਸਲਾ ਹੈਗਾ। 9863 ਜੀ 95486। ਅੱਛਾ, ਨੰਬਰ ਲਿਖਾ ਰਹੇ ਨੇ ਐਸਐਚਓ ਸਾਹਿਬ। ਅਸੀਂ ਕੋਈ ਨਹੀਂ, ਇੱਥੇ ਖੜੇ ਆ, ਗੱਲਬਾਤ ਕਰਾਂਗੇ ਐਸਐਚਓ ਸਾਹਿਬ ਦੇ ਨਾਲ। ਇੱਧਰ ਕੁਲਦੀਪ ਮਗਰਲੇ ਪਾਸੇ ਦਿਖਾ ਦੇ ਮਾੜਾ ਜਿਹਾ ਕੈਮਰਾ, ਦਿਖਾ ਦੇ। ਮਗਰਲੇ ਪਾਸੇ ਲੋਕ ਖੜੇ ਨੇ। ਲੋਕ ਨੇ ਦੱਸਿਆ ਗਾ ਕਿ ਐਸਐਚਓ ਸਾਹਿਬ ਨਾਲ ਸੀਗੇ। ਤੁਸੀਂ ਵੀ ਨਾਲ ਹੋਵੋਗੇ, ਮੁਲਾਜ਼ਮ ਹੋ ਤੁਸੀਂ ਇੱਥੋਂ ਥਾਣੇ 'ਚ? ਕਿਵੇਂ ਤੁਸੀਂ ਕੱਲ ਜੋ ਇੱਥੇ ਵਾਪਰਿਆ ਉਹਦੇ ਦੇਖਿਆ ਹੋਣਾ ਤੁਸੀਂ ਸਾਰਾ ਕੁਛ, ਕੀ ਕੁਛ ਹੋਇਆ ਇੱਥੇ? ਉਹ ਤਾਂ ਰੁਕਾਵਟ ਆਉਂਦੇ ਸੀ, ਹੋਰ ਤਾਂ ਕੀ ਦੇਖਿਆ ਸਰ। ਕੌਣ ਰੁਕਾਵਟ ਪਾਉਂਦੇ ਸੀ? ਆਪਣੇ ਪਬਲਿਕ ਹੀ। ਪਬਲਿਕ ਇੱਥੇ ਇਕੱਠੀ ਹੋਈ ਆ। ਪਬਲਿਕ ਕਹਿੰਦੇ ਵੀ ਸਾਨੂੰ ਚਾਹੀਦੀ ਨਹੀਂ ਮੁਹੱਲਾ ਕਲੀਨਿਕ, ਸਾਡੇ ਤੇ ਧੱਕੇ ਨਾਲ ਥੋਪੇ ਜਾ ਰਹੇ ਨੇ। ਪਿੰਡ ਦਾ ਕੰਮ ਹੈ ਸਰ, ਇਹਨਾਂ ਦਾ ਵੀ ਚਾਹੀਦਾ ਜਾਂ ਨਹੀਂ ਚਾਹੀਦਾ ਸਰ। ਠੀਕ ਹੈ ਜੀ। ਐਸਐਚਓ ਸਾਹਿਬ ਕਿਸੇ ਨਾਲ ਵੱਡੇ ਅਫਸਰ ਨਾਲ ਲੱਗੇ ਨੇ ਜਾਂ ਕੋਈ ਪਰਸਨਲ ਗੱਲ ਕਰ ਰਹੇ ਨੇ? ਮਾਨਸਾ ਡਿਪਟੀ ਸਾਹਿਬ ਦੇ ਨਾਲ ਗੱਲ ਚੱਲਦੀ ਹੈ ਜੀ। ਉਹਨਾਂ ਨੇ ਕਹਿੰਦੇ ਇੱਥੇ ਕੋਈ ਕੰਮ ਸੀ ਉਹਨਾਂ ਦਾ ਜ਼ਰੂਰੀ। ਉਹਨਾਂ ਡਿਊਟੀ ਮੇਰੀ ਲਾਈ ਸੀ ਯਾਰ, ਮੇਰਾ ਨੰਬਰ ਦਿੱਤਾ ਉਹਨਾਂ ਨੇ ਸਰ। ਬਈ ਤੁਸੀਂ ਵੀ ਨਾਲ ਸੀ ਕੱਲ? ਨਾਲ ਨਹੀਂ ਸੀਗੇ? ਥਾਣੇ 'ਚ ਸੀ ਤੁਸੀਂ? ਨਹੀਂ, ਮੈਂ ਤਾਂ ਜੀ ਬਾਹਰ ਆਊਟ ਸਟੇਸ਼ਨ ਹੀ। ਅੱਛਾ, ਆਊਟ ਸਟੇਸ਼ਨ ਸੀ। ਤਾਂ ਇੱਥੇ ਹੋਰ ਵੀ ਮੁਲਾਜ਼ਮ ਖੜੇ ਨੇ। ਬਾਈ ਤੁਸੀਂ ਤਾਂ ਨਹੀਂ ਨਾਲ? ਤੁਸੀਂ ਤਾਂ ਨਹੀਂ ਸੀ ਨਾਲ? ਵੀ ਦੱਸ ਸਕਦੇ ਸਾਡੇ। ਹਾਂਜੀ, ਨਾ ਸਾਡੇ ਤਾਂ ਡਿਊਟੀਆਂ ਲੱਗੀਆਂ ਹੋਈਆਂ ਬਾਹਰ। ਨਹੀਂ, ਤੁਸੀਂ ਇੱਥੇ ਪਿੰਡ 'ਚ ਸੀ ਜਾਂ ਬਾਹਰ ਸੀ ਕਿਤੇ? ਬਸ ਬਾਹਰ ਸਾਡੀਆਂ ਡਿਊਟੀਆਂ ਲੱਗੀਆਂ, ਬਾਹਰ ਡਿਊਟੀਆਂ ਲੱਗੀਆਂ ਨੇ, ਉਹ ਕਰਕੇ ਜਾਣਾ ਪੈਂਦਾ। ਸਾਰੇ ਡਿਊਟੀਆਂ ਅਲੱਗ-ਅਲੱਗ। ਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਐਸਐਚਓ ਸਾਹਿਬ ਦੇ ਨਾਲ ਅਸੀਂ ਗੱਲ ਕਰਨੀ ਚਾਹੀ। ਤਾਂ ਹੁਣ ਦੇਖਦੇ ਆਂਗੇ ਕਿ ਸਾਡੇ ਨਾਲ ਗੱਲ ਕਰਨਗੇ ਜਾਂ ਨਹੀਂ ਕਰਨਗੇ। ਤਾਂ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਮੁੱਦੇ ਦੀ ਤਹਿ ਤੱਕ ਜਾਇਆ ਜਾਵੇ, ਕਿਉਂਕਿ ਇੱਥੇ ਸਾਨੂੰ ਬਜ਼ੁਰਗਾਂ ਨੇ ਦੱਸਿਆ ਕਿ ਇੱਥੇ ਚੋਰੀਆਂ ਵੀ ਬਹੁਤ ਹੁੰਦੀਆਂ ਨੇ। ਸਾਡੀਆਂ ਕੇਬਲਾਂ ਲਾਈਆਂ ਜਾਂਦੀਆਂ ਨੇ, ਸਾਡੇ ਸਿੰਡੀਕੇਟ ਚੱਕੇ ਜਾਂਦੇ ਨੇ, ਸਾਡੇ
ਜੇਬਾਂ ਦੇ ਵਿੱਚ ਅਸੀਂ ਪੈਸੇ ਰੱਖਣੋਂ ਹਟ ਗਏ ਆ ਕਿ ਸਦਰੇ ਤੋਂ ਭੱਜਾ ਨਹੀਂ ਜਾਣਾ। ਤਾਂ ਅਸੀਂ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ। SHO ਸਾਹਿਬ ਹਜੇ ਬਿਜੀ ਨੇ। ਕੁਲਦੀਪ ਉਹ ਤਸਵੀਰ ਦਿਖਾ ਦਿਓ, ਉੱਧਰ ਫੋਨ ਤੇ ਲੱਗੇ ਹੋਏ ਨੇ SHO ਸਾਹਿਬ, ਉਹ ਬਿਜੀ ਨੇ ਹਲੇ। ਤਾਂ ਅਸੀਂ ਇੱਧਰਲੇ ਪਾਸੇ ਗੱਲਬਾਤ ਕਰ ਲਈਏ ਲੋਕਾਂ ਦੇ ਨਾਲ। ਉਹਨਾਂ ਟਾਈਮ ਅੱਜ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਸਾਰਿਆਂ ਦੇ ਨਾਲ ਹੀ ਕਰਾਂਗੇ। ਗਰਾਊਂਡ ਜ਼ੀਰੋ 'ਤੇ ਰਿਪੋਰਟਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਗਰਾਊਂਡ ਜ਼ੀਰੋ ਤੋਂ ਅਸੀਂ ਮੁਲਾਕਾਤ ਆ ਜਿਹੜੀ ਲੋਕਾਂ ਦੇ ਨਾਲ ਕਰ ਰਹੇ ਹਾਂ ਕਿ ਕੀ ਵਾਪਰਿਆ। ਬਾਬਾ ਕੱਲ੍ਹ ਕੀ ਵਾਪਰਿਆ ਇੱਥੇ ਪਿੰਡ ਦੇ ਵਿੱਚ ਪਤਾ? ਕੱਲ੍ਹ ਜੀ ਸਹਿਣਾ ਪਿੰਡ ਦੇ ਅੰਦਰ ਜਿਹੜੀ ਇਹ ਮਹੱਲਾ ਕਲੀਨਿਕ ਦਾ ਜੋ ਉਦਘਾਟਨ ਹੋਇਆ, ਅਸੀਂ ਇੱਥੇ ਬਾਜ਼ਾਰ 'ਚ ਇਹ ਵੀਡੀਓ ਵਗੈਰਾ ਜੋ ਪੰਚਾਇਤ ਨੇ ਧਰਨਾ ਲਾਇਆ ਸੀਗਾ, ਉਸ ਤੋਂ ਬਾਅਦ ਗਏ ਅਸੀਂ ਉੱਥੇ। ਪ੍ਰਸ਼ਾਸਨ ਵੀ ਦਾ ਬੰਦੋਬਸਤ ਬਹੁਤ ਸੀਗਾ ਅਤੇ ਉਸ ਤੋਂ ਬਾਅਦ ਅੰਦਰ ਵੀ ਜਾ ਕੇ ਆਏ। ਅਸੀਂ ਆਖਿਆ ਵੀ ਠੀਕ ਆ, ਦੇਖੋ ਕਿਹੜੀਆਂ ਇਹਨਾਂ ਨੇ ਮਸ਼ੀਨਾਂ ਲਾਈਆਂ। ਅਤੇ ਇਹ MLA ਸਾਹਿਬ ਨਾਲ ਜੋ ਵੀਡੀਓ ਆਈ, ਉਹ ਵੀਡੀਓ 'ਤੇ ਅਸੀਂ ਦੇਖਿਆ, ਮੌਕੇ 'ਤੇ ਅਸੀਂ ਨਹੀਂ ਸੀਗੇ, ਪਰ ਅੰਦਰ ਕੋਈ ਸਾਨੂੰ ਮਸ਼ੀਨ ਦਿਖਾਈ ਗਈ ਨਹੀਂ। ਜੋ ਜੇ ਮੰਤਰੀ ਸਾਹਿਬ ਪਬਲਿਕ ਨੇ ਬਣਾਇਆ, ਜੋ ਉਹਨਾਂ ਨੇ ਕਿਹਾ ਵੀ ਅਸੀਂ ਥੱਪੜ ਮਾਰਾਂਗੇ, ਅਸੀਂ ਇਹਦਾ ਵਿਰੋਧ ਕਰਦੇ ਹਾਂ ਪਿੰਡ ਵੱਲੋਂ। ਜੋ ਕਿ ਇਹ ਮਾਨਵ ਅਧਿਕਾਰਾਂ ਦਾ ਹੰਨਣਾ, ਧਰਨਾ ਲਾਉਣਾ ਹਰੇਕ ਮਨੁੱਖ ਦਾ ਆਵਾਜ਼ ਉਠਾਉਣ ਦਾ ਉਹਦਾ ਹੱਕ ਆ, ਉਹਨੂੰ ਦਬਾਇਆ ਨਾ ਜਾਵੇ। ਜੋ ਕਿ ਪਬਲਿਕ ਦੇ ਅੰਦਰ ਹਰੇਕ ਬੰਦਾ ਆਪ ਬੋਲ ਸਕੇ। ਬਾਕੀ ਪਿੰਡ ਦਾ ਇਹ ਆ ਵੀ ਵੱਡਾ ਪਿੰਡ ਆ ਸਾਡਾ, ਆਬਾਦੀ ਵਾਲਾ ਹੈ। ਜੋ ਇਹਨਾਂ ਦੀ ਮੰਗ ਸੀ ਵੀ ਇਹਨੂੰ ਵੱਡਾ ਕੀਤਾ ਜਾਵੇ, ਨਾ ਕਿ ਛੋਟਾ ਕੀਤਾ ਜਾਵੇ। ਤਾਂ ਅਸੀਂ ਅੱਗੇ ਚੱਲਦੇ ਹਾਂ। ਆਹ ਨੌਜਵਾਨ ਬੈਠੇ ਨੇ ਬਈ, ਸਰਪੰਚ ਦੀ ਸਪੋਰਟ 'ਚ ਆਏ ਹੋ? ਹਾਂਜੀ ਬਿਲਕੁਲ ਬਾਈ। ਤੇ ਕੱਲ ਜੋ ਵੀ ਵਾਪਰਿਆ ਤੁਹਾਨੂੰ ਪਤਾ ਹੀ ਹੈ, ਸਾਰੇ ਵਾਇਰਲ ਹੋ ਚੁੱਕਿਆ ਹੈਗਾ। ਤੇ ਆਪਾਂ ਦੇਖ ਸਕਦੇ ਹਾਂ ਵੀ ਸਰਪੰਚ ਸਾਹਿਬ ਕਿੰਨੀ ਰਿਸਪੈਕਟ ਨਾਲ ਗੱਲ ਕਰ ਰਹੇ ਨੇ, ਤੇ ਉਹਦਾ ਮੋੜਵਾਂ ਜਵਾਬ ਕੀ ਮਿਲ ਰਿਹਾ ਤੁਹਾਨੂੰ ਪਤਾ ਹੀ ਆ ਵੀ 4 ਲਫੇੜੇ ਮਾਰ ਕੇ ਅੰਦਰ ਸੁੱਟ ਦਿੱਤਾ ਜਾਊਗਾ। ਇਹ ਬਹੁਤ ਸਰਾਸਰ ਗਲਤ ਆ। ਉੱਦਾਂ ਹੀ ਪਤਾ ਵੀ ਇੱਦਾਂ ਬੋਲਣਾ ਬਹੁਤ ਗਲਤ ਆ। ਤੇ ਜੇ ਮੂਹਰੋਂ ਕੋਈ ਰਿਸਪੈਕਟ ਨਾਲ ਗੱਲ ਕਰਦਾ, ਉਹਦੇ ਨਾਲ ਰਿਸਪੈਕਟ ਨਾਲ ਗੱਲ ਕਰੋ। ਚਾਹੁੰਦੇ ਹੋ ਇੱਥੇ ਮਹੱਲਾ ਕਲੀਨਿਕ ਬਣੇ? ਨਹੀਂ ਵੀਰੇ, ਦੇਖੋ ਸਾਡੇ ਪਿੰਡ ਦੀ ਆਬਾਦੀ ਬਹੁਤ ਜ਼ਿਆਦਾ ਹੈਗੀ, ਯਾਨੀ ਕਿ 10-12 ਹਜ਼ਾਰ ਤਾਂ ਵੋਟ ਹੀ ਆ। ਤੇ ਹਾਂ ਬਣ ਜੇ, ਬਟ ਉਹ ਹਸਪਤਾਲ ਨੂੰ ਨਾ ਮਤਲਬ ਡੀਗ੍ਰੇਡ ਕੀਤਾ ਜਾਵੇ, ਉਹ ਉੱਦਾਂ ਹੀ ਚੱਲਣ ਦਿੱਤਾ ਜਾਵੇ, ਸਾਈਡ ਤੇ ਬਣ ਜੇ। ਕਿੱਥੇ ਤਾਂ ਅਪਗ੍ਰੇਡ ਕਰਨ ਦੀ ਬਜਾਏ ਉਹਨੂੰ ਛੋਟਾ ਕਰ ਰਹੇ ਆ। ਤੇ ਜਿਹੜੇ ਹੁਣ ਗਰੀਬ ਮਜ਼ਦੂਰ ਲੋਕ ਆ, ਉਹ ਕਿੱਥੇ ਜਾਣਗੇ ਬਾਈ ਯਾਰ। ਬਿਲਕੁਲ ਹਾਂਜੀ। ਹਾਂ ਤਾਂ ਅੱਗੇ ਚੱਲਦੇ ਹਾਂ। ਬਜ਼ੁਰਗੋ ਕਿੰਨੀ ਕੁ ਉਮਰ ਹੋ ਗਈ? ਦੇਖਿਆ ਪਹਿਲਾਂ ਇਹੋ ਜਿਹਾ MLA ਜਿਹੜਾ ਕਹਿੰਦਾ ਸਰਪੰਚ ਨੂੰ ਵੀ ਮੈਂ ਥੱਪੜ ਮਾਰ ਦੂੰ? ਮੈਂ ਨਹੀਂ ਦੇਖਿਆ, ਉਹ ਨਹੀਂ ਸੀਗਾ। ਜੇ ਮੈਂ ਕੋਲੇ ਹੁੰਦਾ ਫਿਰ ਦੱਸ ਦਿੰਦਾ। ਨਹੀਂ ਪਹਿਲਾਂ ਤੁਸੀਂ ਆਪਦੀ ਉਮਰ 'ਚ ਦੇਖਿਆ ਹੋਵੇ ਇਹ? ਤਾਂ ਹੀ ਕੋਈ MLA ਨਹੀਂ ਦੇਖਿਆ ਇਹ ਜਿਹਾ, ਪਰ ਮੈਂ ਕੋਲੇ ਨਹੀਂ ਸੀ ਵੀ ਕੀ ਗੱਲ ਹੋਈ ਹੈ, ਇਹ ਗੱਲ ਦਾ ਨਹੀਂ ਪਤਾ ਮੈਨੂੰ। ਤੁਸੀਂ ਦੇਖਿਆ ਬਜ਼ੁਰਗੋ ਕਿੰਨੀ ਉਮਰ ਹੋ ਗਈ ਇਹੋ ਜਿਹਾ MLA ਪਹਿਲਾਂ ਉਹਦੀ ਉਮਰ 'ਚ ਦੇਖਿਆ ਹੋਵੇ ਜਿਹੜਾ ਕਹਿੰਦਾ ਹੋਵੇ ਵੀ ਮੈਂ ਸਰਪੰਚ ਦੀ ਥੱਪੜ ਮਾਰੂ? ਮੈਂ ਤਾਂ ਕੱਲ ਖੇਤ ਸੀਗਾ। ਨਹੀਂ ਤੁਸੀਂ ਆਪਦੀ ਉਮਰ 'ਚ ਪਹਿਲਾਂ ਦੇਖਿਆ ਹੋਵੇ, ਕੋਈ ਬਾਦਲਾਂ ਵੇਲੇ ਦੇਖਿਆ ਹੋਵੇ ਜਾਂ ਕੈਪਟਨਾਂ ਵੇਲੇ ਦੇਖਿਆ ਹੋਵੇ? ਉਮਰ ਹਾਂ 73 ਸਾਲ ਹੈ। ਇਹੋ ਜਿਹਾ ਮੈਂਬਰ ਵੀ ਨਹੀਂ ਦੇਖਿਆ। ਹਾਂਜੀ, ਮੈਂਬਰ ਵੀ ਨਹੀਂ ਦੇਖਿਆ। MLA ਦਾ ਕੀ ਦੇਖਣਾ ਸੀ? ਜਿਵੇਂ ਉਹ ਬੋਲਿਆ ਇੰਨੀਆਂ ਬੁੜੀਆਂ ਤੇ ਇਹੋ ਜਿਹਾ ਬੋਲਿਆ ਇਹਨੂੰ ਸਰਪੰਚ ਨੂੰ। ਹਲਕ ਨਹੀਂ ਸਾਡੇ ਪਿੰਡ ਦੀ, ਹਲਕਾ ਪਿੰਡ ਨਹੀਂ ਬੋਲ ਗਿਆ ਉਹ। ਮੈਂਬਰ ਕਹਿੰਦਾ ਸਾਡੀਆਂ ਵੋਟਾਂ ਪਾਇਆ, ਆਹ ਦਿੱਤਾ ਉਹਨੇ ਫਲ। ਕਹਿੰਦੇ ਸਰਪੰਚ ਦਾ ਪਿੰਡ ਦੀ ਪੱਗ ਹੁੰਦੇ ਨੇ। ਹਾਂ ਫਿਰ ਸਾਡੀ ਤਾਂ ਪੱਗ ਉਹ ਸਿੱਟ ਗਿਆ ਪੈਰਾਂ 'ਚ ਉਹਦੇ। ਸਾਡਾ ਕੀ ਰਹਿ ਗਿਆ ਹੁਣ ਇੱਥੇ? ਕਿੱਥੇ ਭਗਵੰਤ ਮਾਨ ਕਹਿੰਦਾ ਸੀ ਮੈਂ ਬਣਾ ਦੂੰ, ਐਂ ਬਣਾ ਦੂੰ, ਸਾਡਾ ਕੀ ਸੁਣ ਲੈਣੇ? ਆਮ ਆਦਮੀ ਦੀ ਕਹਿੰਦਾ ਸੀ ਕੀ ਸਾਡਾ ਕਰ ਗਏ ਇਹ? ਕਿੱਥੇ ਜਾਵਾਂਗੇ ਅਸੀਂ ਦਵਾਈ ਬੂਟੀ ਲੈਣ? ਹਿਸਾਬ ਲਾਓ ਤੁਸੀਂ, ਅਸੀਂ ਕਿੱਥੇ ਜਾਵਾਂਗੇ? ਐਡਾ ਪਿੰਡ ਆ ਸਾਡਾ, ਕਿੱਥੇ ਲਾਵਾਂ ਪਿੰਡਾਂ ਦੇ ਵੀ ਇੱਥੇ ਆਉਂਦੇ 12-13 ਪਿੰਡਾਂ ਦੇ। ਕਿਤੇ ਬੁਰਜ ਬਣਾਉਂਦੇ ਜਾਂ ਢਿਲਵੀਂ ਬਣਾਉਂਦੇ, ਮੌੜੀ ਬਣਾਉਂਦੇ, ਇੱਥੇ ਲੀਲੋ ਕੋਠੀ ਬਣਾਉਂਦੇ, ਉਹ ਕੋਠੇ ਸੀ ਉੱਥੇ ਬਣਾਉਂਦੇ। ਹਾਂ ਉਹ ਬਣੀ ਬਣਾਈ ਆਹ ਜਗ੍ਹਾ ਕਿਹੋ ਜਿਹੀ ਇੱਥੇ ਬਣਾਉਂਦੇ। ਜੋ ਸਰਪੰਚ ਕਹਿੰਦਾ ਵੀ ਤੈਨੂੰ ਅਸੀਂ ਥਾਂ ਦਿੰਦੇ ਹਾਂ, ਜਗ੍ਹਾ ਦਿੰਦੇ ਹਾਂ, ਚਾਹ ਪਾਣੀ ਵੀ ਦਿਆ ਕਰਾਂਗੇ, ਸਾਰਾ ਕੁਝ ਦੇਵਾਂਗੇ, ਵੀ ਇੱਥੇ ਬਣਾਓ ਜਿੱਥੇ ਮਰਜ਼ੀ। ਧੱਕੇ ਨਾਲ ਬਣਾ ਕੇ ਗਏ ਆ। ਧੱਕੇ ਨਾਲ ਬਣਾ ਕੇ? ਧੱਕੇ ਨਾਲ ਹੀ ਬਣਾਇਆ ਜੀ, ਹੋਰ ਕੀ ਆ? ਕਹਿੰਦੇ ਅੰਦਰ ਨਹੀਂ ਵੜਨ ਦਿੱਤਾ? ਨਾ ਕਿਸੇ ਨੂੰ ਨਹੀਂ ਬਣ ਦਿੱਤਾ। ਹੋਰ ਤੁਸੀਂ ਦੇਖਿਆ ਹੀ ਇਹ ਬੋਲਣਾ ਨਹੀਂ ਹੈਗਾ ਤੁਸੀਂ ਬਈ? ਅਸੀਂ ਇਕੱਲੇ ਬੰਦੇ ਨੂੰ ਪੁੱਛ ਰਹੇ ਹਾਂ ਤਾਂ ਕਿ ਕਿਸੇ ਦੇ ਦਿਲ ਦੇ ਵਿੱਚ ਗਿਲਾ ਨਾ ਰਹੇ ਕਿ ਸਾਡੇ ਲੀਡਰ ਨੂੰ ਮਾੜਾ ਕਹਿ ਗਏ ਜਾਂ ਸਾਡੇ ਲੀਡਰ ਦੇ ਬਾਰੇ ਦੂਜੇ ਲੋਕਾਂ ਨੂੰ ਪੁੱਛ ਗਏ। ਤੁਸੀਂ ਬੋਲਣਾ ਜੀ ਕੁਛ? ਕੀ ਲੱਗਦਾ ਕੀ ਆ ਕੱਲ੍ਹ ਜਿਹੜਾ ਕੁਛ ਹੋਇਆ ਇੱਥੇ ਪਿੰਡ 'ਚ? ਪਿੰਡ 'ਚ ਤਾਂ ਕੱਲ੍ਹ ਬਹੁਤ ਉਹ ਜਿਹੜਾ MLA ਸੀ ਬਹੁਤ ਗਲਤ ਬੋਲ ਕੇ ਗਿਆ। ਐਡਾ MLA ਮਾੜਾ ਸਾਨੂੰ ਅੱਜ ਤਾਈਂ ਨਹੀਂ ਮਿਲਿਆ ਹੈ। ਅੱਜ ਨਾ ਹੁਣ ਅਸੀਂ ਉਹ ਪਿੰਡ 'ਚ ਵੜਨ ਦੇਣਾਗਾ। ਸਰਪੰਚ ਨੂੰ ਸਾਡੇ ਨੂੰ ਇਹੋ ਜਿਹਾ ਸਰਪੰਚ ਆ ਬਹੁਤ ਵੱਧ ਕੇ ਬਹੁਤ ਗਲਤ ਬੋਲ ਗਿਆ। ਇਹ ਜੇ MLA ਤੋਂ ਤਾਂ ਅਸੀਂ ਬਿਨਾਂ ਹੀ ਚੰਗੇ ਆ। ਸਾਨੂੰ ਕਹਿੰਦਾ ਵੀ 13 ਮੰਜੇ ਦਾ ਹਸਪਤਾਲ ਦੇਵਾਂਗੇ ਸਾਨੂੰ। ਹੁਣ ਜਿਹੜਾ ਸਾਡਾ ਹੈਗਾ ਜਿੰਨਾ ਕੁ ਉਹ ਵੀ ਚੱਕੀ ਜਾਂਦਾ, ਕਹਿੰਦਾ ਮੈਂ ਇਹ ਵੀ ਚੱਕ ਨੂੰ, ਉਹਦਾ ਕੀ ਦੇਣਾ ਜੀ, ਕੁਛ ਹੋਰ ਹੀ ਬਣਾਈ ਜਾਂਦਾ। ਮੈਨੂੰ ਤਾਂ ਪਤਾ ਲੱਗਦਾ ਵੀ ਕੀ ਬਣਾਉਂਦਾ, ਕੋਈ ਦੁਕਾਨ ਬਣਾਉਂਦਾ, ਕੀ ਬਣਾਉਂਦਾ। ਇਹਨੂੰ ਕਹਿੰਦੇ ਵੀ ਗਾਹਾਂ ਨੂੰ ਸਾਡੇ ਪਿੰਡ 'ਚ ਨਾ ਵੜੇ, ਬਸ
ਅਸੀਂ ਤਾਂ ਇਹ ਤੋਂ ਬਿਨਾਂ ਹੀ ਚੰਗੇ ਆ। ਕਹਿ ਦਈਏ ਵੀ ਗਾਹਾਂ ਨੂੰ ਨਾ ਬੜੇ ਸਹਿਣੇ 'ਚ ਕਹਦੇ ਵੀ ਸਾਡੇ ਪਿੰਡ 'ਚ ਨਾ ਬੜੇ ਐਮਐਲਏ, ਅਸੀਂ ਤਾਂ ਇਹ ਤੋਂ ਬਿਨਾਂ ਹੀ ਚੰਗੇ ਆਂਗੇ। ਬਸ ਸਾਡੇ ਸਰਪੰਚ ਨੂੰ ਬਹੁਤ ਗਲਤ ਬੋਲ ਕੇ ਗਿਆ ਹੈ। ਪਛਤਾਉਣੇ ਹੋ ਹੁਣ, ਪਛਤਾਉਣੇ ਹੋ ਵੀ ਜਾਂ ਬਾਦਲਾਂ ਨੂੰ ਹੀ ਵੋਟ ਪਾ ਕੇ ਜਿਤਾ ਦਿੰਦੇ ਜਾਂ ਚੰਨੀ ਵਰਗਿਆਂ ਨੂੰ ਜਿਤਾ ਦਿੰਦੇ। ਅਸੀਂ ਤਾਂ ਜਮਾ ਪਛਤਾਉਨੇ ਆ, ਸਾਨੂੰ ਤਾਂ ਪਤਾ ਨਹੀਂ ਸੀ ਵੀ ਅਸੀਂ ਤਾਂ ਕਿ ਵੀ ਗਰੀਬ ਘਰ ਦਾ ਪੁੱਤਾ ਚੱਲ ਬਣਾ ਦਿੰਨੇ ਆ। ਇਹਨੂੰ ਤਾਂ ਸਹੁਰੇ ਨੂੰ ਜਮਾ ਹੀ ਮੱਤ ਨਹੀਂ, ਨਾ ਸੂਹਾਂ ਨਾ ਸੱਪਾਂ। ਇਹਨੇ ਤਾਂ ਬਹੁਤ ਗਲਤ ਬੋਲ ਕੇ ਗਿਆ ਸਾਡੇ ਪਿੰਡ 'ਚ, ਨਜਾਇਜ਼ ਜੀ। ਇਦੋਂ ਮੁੜ ਕੇ ਮੈਂ ਤੁਹਾਨੂੰ ਦੱਸਦਾ ਵੀ ਸਾਡੇ ਪਿੰਡ 'ਚ ਨਾ ਬੜੇ, ਬਸ ਇਹ ਤੋਂ ਬਿਨਾਂ ਹੀ ਚੰਗੇ ਸੀ। ਤਾਂ ਨਾ ਸਾਨੂੰ ਇਹਦੀ ਮਦਦ ਦੀ ਲੋੜ ਆ, ਨਾ ਸਾਨੂੰ ਇਹਦੇ ਕੋਈ ਪਿਆਰ ਦੀ ਲੋੜ ਆ। ਸਾਨੂੰ ਇਹਨੂੰ ਸਾਡੇ ਪਿੰਡ 'ਚ ਬੜੇ ਹੀ ਨਾ, ਬਸ ਆਹੀ ਗੱਲ ਆ, ਹੋਰ ਗੱਲ ਕੋਈ ਨਹੀਂ ਹੈ। ਬਿਲਕੁਲ, ਤਾਂ ਇਹਨਾਂ ਨੇ ਤਾਂ ਬਾਈਕਾਟ ਹੀ ਕਰਤਾ ਜੀ, ਸਾਡੇ ਪਿੰਡ 'ਚ ਹੀ ਨਾ ਬੜੇ। ਇਧਰਲੇ ਪਾਸੇ ਕਿੰਨੀ ਉਮਰ ਹੋ ਗਈ ਬਜ਼ੁਰਗੋ ਤੁਹਾਡੀ ਕਿੰਨੀ ਉਮਰ ਹੋ ਗਈ? ਸਾਡੀ ਤਾਂ ਉਮਰ ਜੀ 85-86 ਸਾਲ ਦੀ। ਅਸੀਂ ਤਾਂ ਐਂ ਦੇਖਦੇ ਸੀ ਵੀ ਉੱਥੇ ਪੋਸਟਮਾਸਟਰ ਹੋਏ ਨੇ ਪਹਿਲੇ ਬੰਦੇ ਦੇ ਅੰਗਰੇਜ਼ਾਂ ਦੇ ਰਾਜ ਵੇਲੇ, ਤੇ ਹੁਣ ਉਹਨੂੰ ਚੱਕ ਰਹੇ ਨੇ। ਚੱਕਿਆ ਕਾਹਤੋਂ ਜਾਂਦਾ? ਅਸੀਂ ਤਾਂ ਕਹਿੰਦੇ ਉੱਥੇ 18-20 ਬੰਦਿਆਂ ਦਾ ਹਸਪਤਾਲ ਬਣਨਾ ਦਾ ਆਰਡਰ ਹੋਣਾ ਚਾਹੀਦਾ ਸਰਕਾਰ ਬੰਨਿਓ, ਬਸ। ਬਿਲਕੁਲ, ਤਾਂ ਅਸੀਂ ਇੱਥੇ ਗੱਲਾਂ ਬਾਤਾਂ ਕਰੀਆਂ ਨੇ, ਤੁਹਾਨੂੰ ਤਕਰੀਬਨ ਜਿਹੜੀ ਕਿ ਸਾਰੀ ਰਿਪੋਰਟ ਆ ਉਹ ਦਿਖਾ ਦਿੱਤੀ ਆ। ਹੁਣੇ ਆਏ ਹੋ ਬਜ਼ੁਰਗੋ ਘਰੋਂ? ਤੁਰੇ ਆਏ ਹੋ? ਹਾਂਜੀ ਤੁਰੇ ਆਏ। ਕੱਲ ਇੱਥੇ ਕਹਿੰਦੇ ਖਾਸਾ ਕੁਛ ਰੌਲਾ ਪੈ ਗਿਆ, ਕਹਿੰਦੇ ਕਾਫੀ ਕੁਛ ਵਾਪਰ ਗਿਆ। ਪਤਾ ਲੱਗਿਆ, ਮੈਂ ਹੈ ਨਹੀਂ ਸੀ ਇੱਥੇ, ਬਾਹਰ ਸੀਗਾ, ਮੈਂ ਹੈ ਨਹੀਂ ਸੀ ਇੱਥੇ। ਪਹਿਲਾਂ ਦੇਖਿਆ ਉਹਦੀ ਉਮਰ ਦੇ ਵਿੱਚ ਅਜਿਹਾ ਕੁਛ ਹੁੰਦਾ? ਮੈਂ ਇਹੋ ਜਿਹਾ ਕੁਛ ਨਹੀਂ ਦੇਖਿਆ ਜੀ, ਨਹੀਂ ਦੇਖਿਆ ਜੀ। ਦੇਖਿਆ ਬਥੇਰੇ, ਚਲੋ ਸਿਆਸੀ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਆਪਦੇ ਵਿਚਾਰ ਰੱਖਦੀਆਂ ਵੀ ਚਲੋ ਚੰਗੀ ਗੱਲ ਹੈ ਜੇ ਉਹ ਪਿੰਡ ਦਾ ਕੋਈ ਕੰਮ ਹੁੰਦਾ ਸੀ। ਪਰ ਜਦੋਂ ਸਰਪੰਚ ਸਾਹਿਬ ਨੇ ਸੁਝਾਅ ਦਿੱਤੇ ਸੋ ਮੰਨ ਲੈਣਾ ਚਾਹੀਦਾ ਸੀ। ਵੀ ਗੱਲ ਸੁਣੀ ਹੈ, ਗੱਲ ਵੀ ਰੌਲਾ ਪਿਆ ਜਿਸ ਗੱਲ ਕਰਤੀ ਵੀ ਜੇ ਉਹਨਾਂ ਕੋਲ ਨਹੀਂ ਫੰਡ ਸੀ, ਬਿਲਡਿੰਗ ਸੀਗੀ ਇੱਥੇ, ਬਿਲਡਿੰਗ ਮਤਲਬ ਸਰਪੰਚ ਸਾਹਿਬ ਦੇ ਦਿੰਦੇ ਵੀ ਉੱਥੋਂ ਸਾਡੇ ਪਹਿਲਾਂ ਹੀ ਡਾਕਟਰ ਨਹੀਂ ਬਹਿੰਦਾ, ਸਾਡੇ ਪਹਿਲਾਂ ਹਸਪਤਾਲ ਬਣਿਆ ਵਾ, ਸਾਨੂੰ ਤਾਂ ਹੋਰ ਉੱਥੇ ਮਤਲਬ ਬਿਸਤਰਿਆਂ ਦਾ ਚਾਹੀਦਾ। और बार मैं सफाई सेवक सारे पिंड का भाई, मैं कहना सफाई सेवक आज दिन लेकर मैं दूजा नहीं है ਸ਼ਰਾਬ ਜੀ। ਹਾਂਜੀ, ਤਾਂ ਅਸੀਂ ਇੱਥੇ ਜਿਹੜੀ ਗੱਲਬਾਤ ਹੈ ਸਫਾਈ ਸੇਵਕ ਨੇ, ਉਹਨਾਂ ਨੇ ਵੀ ਇੱਧਰ SHO ਸਾਹਿਬ ਲੰਘੇ ਹੈਗੇ, ਕਿੱਧਰ ਲੰਘੇ SHO ਸਾਹਿਬ? ਸਿਮਰਨਜੀਤ ਸਿੰਘ ਮਾਨ ਵੀ ਪਹੁੰਚ ਚੁੱਕੇ ਨੇ, ਤੁਸੀਂ ਦੇਖ ਸਕਦੇ ਹੋ ਤਸਵੀਰ ਆ। ਸਰਦਾਰ ਸਿਮਰਨਜੀਤ ਸਿੰਘ ਮਾਨ ਪਹੁੰਚੇ ਨੇ, ਤਾਂ ਅਸੀਂ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕੱਲ ਕਾਫੀ ਕੁਝ ਵਾਪਰਿਆ ਇੱਥੇ। ਸਪੋਰਟ ਦੀ ਗੱਲ ਕਰ ਰਹੇ ਨੇ ਸਿਮਰਨਜੀਤ ਸਿੰਘ ਮਾਨ, ਸੰਗਰੂਰ ਤੋਂ MP ਜਿੱਤੇ ਹੋਏ ਨੇ ਜਿਮਨੀ ਚੋਣ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਅੱਜ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਇੱਥੇ ਤੁਹਾਨੂੰ ਅਸੀਂ ਤਸਵੀਰ ਦਿਖਾ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ। ਤਾਂ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਨਾਲ ਗੁਰਜੰਟ ਸਿੰਘ ਕੱਟੂ, ਰਣਦੀਪ ਸਿੰਘ, ਤਾਂ ਇਹ ਸਾਰੇ ਜਿਹੜੇ ਪਾਰਟੀ ਦੇ ਮੈਂਬਰ ਨੇ ਉਹ ਵੀ ਪਹੁੰਚੇ ਨੇ। ਤਾਂ ਇੱਥੇ ਅਸੀਂ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਤੁਸੀਂ ਦੇਖ ਸਕਦੇ ਹੋ, ਇੱਕ ਪਾਸੇ MLA ਗਾਲਾਂ ਕੱਢਦੇ ਨੇ ਤਾਂ ਦੂਜੇ ਪਾਸੇ MP ਮਾਨ ਸਨਮਾਨ ਦਿੰਦੇ ਨੇ। ਤਾਂ ਸਾਡੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ। ਇੱਕ ਪਾਸੇ ਫੰਡ ਦੇ ਕੇ ਜਾਂਦੇ ਨੇ ਸੈਣਾ ਪਿੰਡ ਨੂੰ, ਤਾਂ ਇੱਕ ਪਾਸੇ MLA ਗਾਲਾਂ ਕੱਢਦੇ ਦਿਖਾਈ ਦਿੰਦੇ ਨੇ। ਤਾਂ ਅਸੀਂ ਇਸ ਮਾਨ ਸਾਹਿਬ ਨੇ 5 ਲੱਖ ਦਾ ਐਲਾਨ ਕੀਤਾ ਹਸਪੀਟਲ ਨੂੰ, ਜਿਹੜੇ ਹਸਪੀਟਲ ਦੀ ਗੱਲ ਨੂੰ ਲੈ ਕੇ ਸਰਪੰਚ ਨੂੰ ਗਾਲਾਂ ਕੱਢੀਆਂ ਆ MLA ਦੇ ਵੱਲੋਂ। ਮਾਨ ਸਾਹਿਬ ਤੁਸੀਂ 5 ਲੱਖ ਦਾ ਐਲਾਨ ਕਰਦੇ ਹੋ, ਦੂਜੇ ਪਾਸੇ MLA ਗਾਲਾਂ ਕੱਢ ਰਹੇ ਨੇ। ਚਲੋ ਫਿਰ ਇਹਦਾ ਤਾਂ ਇਹ ਜਵਾਬ ਨਹੀਂ ਨਾ ਦੇ ਸਕਦੇ ਕੁਛ ਵੀ, ਕਿਉਂ ਕਰਕੇ ਸਰਪੰਚ ਬੁਨਿਆਦ ਹੈ ਸਾਡੀ ਜਮਹੂਰੀਅਤ ਦੀ ਜੀ, ਤੇ ਇਹਦੇ ਨਾਲ ਖੜਨਾ ਹਰੇਕ ਆਦਮੀ ਨੂੰ ਚਾਹੀਦਾ ਹੈਗਾ। ਕਿਉਂ ਕਰਕੇ ਹਰੇਕ ਆਦਮੀ ਦੇ ਦੁੱਖ ਸੁੱਖ ਸਰਪੰਚ ਸੁਣਦਾ, MLA ਨਹੀਂ ਸੁਣ ਸਕਦਾ, MP ਨਹੀਂ ਸੁਣ ਸਕਦਾ, ਹੋਰ ਕੋਈ ਨਹੀਂ ਸੁਣ ਸਕਦਾ। ਸਰਪੰਚ ਹੈ ਜਿਹੜਾ ਸਾਰੇ ਦੁੱਖ ਤਕਲੀਫ ਸੁਣਦਾ ਹੈਗਾ, ਤੇ ਇਹਦੀ ਇੱਜ਼ਤ ਹੋਣੀ ਚਾਹੀਦੀ ਹੈ, ਨਾ ਕਿ ਇਹਨੂੰ ਡਰਾਵੇ ਦੇਣੇ ਚਾਹੀਦੇ ਆ। ਮਾਨ ਸਾਹਿਬ ਜਿਹੜਾ ਤੁਸੀਂ ਪਰਚੇ ਦੀ ਗੱਲ ਕਰੀ ਹੈ, ਇਹ ਮੁੱਦਾ ਜਿਹੜਾ ਇਹ ਗਾਲਾਂ ਕੱਢੀਆਂ ਗਈਆਂ MLA ਦੇ ਵੱਲੋਂ, ਤੁਸੀਂ ਲੋਕ ਸਭਾ ਦੇ ਵਿੱਚ ਇਹ ਚੁੱਕੋਗੇ? ਜੇ ਟਾਈਮ ਮਿਲਿਆ ਤਾਂ ਚੱਕਾਂਗੇ, ਪਰ ਇਹ ਮੇਰਾ ਮਤਲਬ ਹੋਰ ਬੜੇ ਮੁੱਦੇ ਹੁੰਦੇ ਆ ਤੇ ਵਿੱਚ ਗੱਲ ਕਰਦਿਆਂ ਫਸਾ ਸਕਾਂਗੇ ਕਿਸੇ ਗੱਲਬਾਤ ਦੇ ਵਿੱਚ। ਜੀ ਬਿਲਕੁਲ, ਤਾਂ ਅਸੀਂ ਇੱਥੇ ਗੱਲਬਾਤ ਕਰੀ ਆ, ਤੁਸੀਂ ਦੇਖ ਸਕਦੇ ਹੋ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਸਾਡੇ ਨਾਲ ਮੌਜੂਦ ਸਨ, ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰੀ ਆ। ਤਾਂ ਅੱਜ ਸਰਪੰਚ ਦੇ ਹੱਕ ਦੇ ਵਿੱਚ ਪਹੁੰਚੇ ਸੀ।
ਅੱਜ ਸਰਪੰਚ ਦੇ ਹੱਕ ਦੇ ਵਿੱਚ ਪਹੁੰਚੇ ਸੀ ਸਿਮਰਨਜੀਤ ਸਿੰਘ ਮਾਨ। ਤਾਂ ਇੱਥੇ ਇੱਕ ਪਾਸੇ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਇੱਕ ਪਾਸੇ ਲੋਕਾਂ ਦੇ ਵੱਲੋਂ ਚੁਣੇ ਹੋਏ ਸਰਪੰਚ ਨੂੰ ਲੋਕਾਂ ਦੇ ਵੱਲੋਂ ਹੀ ਚੁਣੇ ਹੋਏ ਐਮਐਲਏ ਦੇ ਵੱਲੋਂ ਗਾਲਾਂ ਕੱਢੀਆਂ ਗਈਆਂ, ਤਾਂ ਦੂਜੇ ਪਾਸੇ ਲੋਕਾਂ ਦੇ ਵੱਲੋਂ ਚੁਣੇ ਹੋਏ ਐਮਪੀ ਦੇ ਵੱਲੋਂ ਪਿੰਡ ਨੂੰ ਫੰਡ ਦੀ ਗੱਲ ਕਰੀ ਗਈ। 5 ਲੱਖ ਦਾ ਐਲਾਨ ਕੀਤਾ ਗਿਆ ਕਿ ਉਸੇ ਹਸਪੀਟਲ ਦੇ ਵਿੱਚ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਤਾਂ ਅਸੀਂ ਆਪਣੇ ਫੰਡ ਦੇ ਵਿੱਚੋਂ 5 ਲੱਖ ਰੁਪਇਆ ਦੇਵਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਗਰਾਊਂਡ ਜ਼ੀਰੋ ਤੇ ਰਿਪੋਰਟ ਆ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਸਾਰੇ ਪਿੰਡ ਨੂੰ ਕੱਲੇ ਸਰਪੰਚ ਨੂੰ ਨਾ ਕਹ ਸਾਰੇ ਪਿੰਡ ਨੂੰ ਕੱਢੀਆਂ ਜਾਂ ਇੱਥੇ ਆਏ ਦਿਨ ਬਾਲੇ ਸਾਡੇ ਨਾਲ ਅੱਜ ਤੇ ਮਰਜ਼ੀ ਆਏ ਹਾਂ ਸਾਰੇ ਐਮਐਲਏ ਲੈਬ ਸ਼ਕਾਬ ਦੇ। ਕਿੰਨੀ ਉਮਰ ਹੋ ਗਈ ਬਾਬਾ ਤੁਹਾਡੀ? 80 ਸਾਲ ਦੀ ਹੋ ਗਈ ਜੀ। 80 ਸਾਲਾਂ 'ਚ ਦੇਖਿਆ ਪਹਿਲਾਂ ਕੋਈ ਅਜਿਹਾ ਐਮਐਲਏ ਐਮਪੀ ਜਿਹੜਾ ਪਿੰਡ ਨੂੰ ਆ ਕੇ ਬੋਲੇ? ਸਾਰੇ ਉੱਤੇ ਫਿਰਦੇ ਨਾਲ ਇਹਦੇ ਤੇਰੇ ਪ੍ਰਦੇਸ਼ ਦਾ ਇਹਦੇ ਨਾਲ ਹੀ ਸਾਰੀ ਹੋਰ ਪਿੰਡ ਮੁੱਢਾ ਸੀ ਇਹਦੇ ਇਹ ਗਜ਼ਾਰਾ ਨਾ ਤਾਂ ਕਿੱਥੇ ਰੁਲਦੇ ਆ। ਸੱਚਾ ਮੋਬਾਈਲ ਵੇਚਦਾ ਟਰਾਂਸਫਾਰਮ ਵੇਚਦਾ ਚੋਰ ਖੜਾ ਕਰਕੇ ਉਹ ਬਣਾਤਾ। ਚੋਰ ਨੇ ਚੋਰੀ ਵਾਲੀ ਗੱਲ ਕੀਤੀ ਬਦਮਾਸ਼ਾਂ ਵਾਲੀ ਗਾਲਾਂ ਕੱਢ ਗਿਆ ਤੇ ਕੱਲ ਇੱਥੇ ਹੁੰਦੇ ਤਾਂ ਫਿਰ ਢਿੱਡ ਨਾ ਪਾੜ ਦਿੰਦੇ ਸ਼ੱਕ ਅੰਦਰ ਜਾ ਵੜਦੇ ਇੱਕ ਜਾਂਦੀ ਅੰਦਰ ਵੀ ਬੰਦੇ ਜਾਂਦੇ ਨੇ ਕਿਹੜਾ ਬੋਲਦਾ। ਬਹੁਤ ਵੱਡੀ ਗਲਤੀ ਕੀਤੀ ਇਹਨਾਂ ਨੇ ਬਹੁਤ ਬੇਵਕੂਫੀ ਕੀਤੀ। ਇਦੋਂ ਬੇਵਕੂਫੀ ਹੋਰ ਕੋਈ ਹੋ ਸਕਦੀ ਆ। ਸਰਪੰਚ ਨੂੰ ਉਹਦੇ ਪਿਓ ਦੇ ਕਾਤਲ ਨੂੰ ਆਪ ਕਹੇ ਹੋਵੇ ਅੰਦਰ ਉਹਦਾ ਪਿਓ ਉਹ ਤੋਂ ਮਰਿਆ। ਅਸੀਂ ਕਹਿੰਦੇ ਉਹਦਾ ਪਿਓ ਉਹਨੇ ਮਾਰਿਆ ਆਪ। ਕੋਈ ਸਬੂਤ ਹੈ? ਤੁਸੀਂ ਇਹ ਗੱਲ ਬੜੀ ਵੱਡੀ ਕਹਿ ਰਹੇ ਹੋ ਅੱਜ ਇੱਥੇ ਖੜ ਕੇ ਲੋਕਾਂ ਨੇ, ਕਿਉਂਕਿ ਜੋ ਗੁੱਸੇ ਹੋ ਗਿਆ ਉਹ ਕਿਹਦੇ ਨਾਲ ਮਰਿਆ? ਉਹਦੀ ਮਾਂ ਨਾਲ ਉਹਦੇ ਨਾਲ ਤੋਇਆ ਉਹ ਕਿਹਦੇ ਨਾਲ ਗੁੱਸੇ ਹੋਇਆ ਦੱਸੇ ਕਿਹਦੇ ਨਾਲ ਗੁੱਸੇ ਹੋ ਕੇ ਮਰਿਆ? ਰਿਪੋਰਟ ਤਾਂ ਦੇਵੇ ਮੇਰਾ ਪਿਓ ਮਰਿਆ। ਉਹ ਤਾਂ ਕਹਿੰਦੇ ਅਟੈਕ ਆਇਆ, ਰਿਪੋਰਟਾਂ ਦਿੱਤੀਆਂ ਨੇ, ਕਹਿੰਦੇ ਰਿਪੋਰਟਾਂ ਦੇ ਵਿੱਚ ਅਟੈਕ ਕਢਾ ਦਿੱਤੀਆਂ ਜੀ ਪੈਸੇ ਤੇ ਐਮਐਲਏ ਕਾ ਕਢਾ ਦਿੱਤੀਆਂ। ਬਾਈ ਖੜੇ ਨੇ। ਬਾਈ ਨੌਜਵਾਨੋ, ਕੱਲ ਤੁਹਾਡੇ ਪਿੰਡ ਦੇ ਸਰਪੰਚ ਦੇ ਨਾਲ ਕਾਫੀ ਵਧੀਕੀ ਹੋਈ ਹੈ। ਇੱਕ ਮੇਰੇ ਪਿੰਡ ਤਾਂ ਗਿੱਲ ਕੁੱਠੇ ਜਿਉਂ ਸਹਿਣੇ ਨਾਲ ਹੀ ਹੈ। ਹਾਂਜੀ ਆਜੋ ਉਰੇ ਨੂੰ ਆਜੋ ਬਾਬੇ, ਉਰੇ ਨੂੰ ਆਜੋ। ਅੱਜ ਅਸੀਂ ਗੱਲਾਂ ਕਰਨੇ ਆਏ ਆ ਪਿੰਡ ਦੇ ਨਾਲ। ਜਿੱਥੇ ਮਰਜ਼ੀ ਆ ਜੇ, ਇੱਥੇ ਮਰਜ਼ੀ ਜਦੋਂ ਮਰਜ਼ੀ ਆ ਜੇ। ਤੈਨੂੰ ਦੱਸ ਕੇ ਵੀ ਅਸੀਂ ਆਉਂ ਨਾ ਤੇਰਾ ਸਾਫ ਤੇ ਜਾਵੜਾ ਫਿਰ ਦੇਖ ਲਾਂਗੇ ਜੀ। ਗਾਉਂ ਸਹਿਣੇ ਕਹਿੰਦੇ ਮੂੰਹ ਵੀ ਕਰਕੇ ਤਾਂ ਕਹਿ ਦਿਓ ਜੀ। ਮੂੰਹ ਵੀ ਕਰਕੇ ਤਾਂ ਇਹ 76 ਪੈਣਗੇ ਤਾਂ 76। ਤੁਸੀਂ ਕੋਲੇ ਸੀ ਪ੍ਰਧਾਨ ਜੀ? ਕੀ ਗੱਲਬਾਤ ਹੋਈ ਆ ਕੱਲ? ਕਿੱਥੋਂ ਸ਼ੁਰੂ ਹੋਈ ਆ, ਕਿੱਥੇ ਜਾ ਕੇ ਖਤਮ ਹੋ ਗਈ ਇਹ ਗੱਲ? ਗੱਲਬਾਤ ਸਾਡੇ ਮਿੰਨੀ ਹਸਪਤਾਲ ਅੱਡੇ ਤੇ ਬਲਾਕ ਕਰਨੀ। ਬਾਕੀ ਇਹ ਪਹਿਲਾਂ ਤੋਂ ਸੀਗਾ। ਇੱਥੇ ਜਿਹੜੇ ਪੋਸਟਮਾਰਟਮ ਵੀ ਹੁੰਦੇ ਰਹੇ। ਅੰਗਰੇਜ਼ਾਂ ਵੇਲੇ ਦਾ ਹਸਪਤਾਲ ਆ ਇਹ। ਸਾਡੇ ਪਿੰਡ ਦੇ ਲਾਰਿਆਂ ਦਾ ਸਮਝ ਲਓ ਵੀ ਇਹ ਦਾਨ ਕੀਤੀ ਹੋਈ ਜ਼ਮੀਨ ਪੰਚਾਇਤੀ ਜ਼ਮੀਨ ਨਹੀਂ, ਇਹਨੂੰ ਬਦਲ ਨਹੀਂ ਸਕਦੇ। ਪਹਿਲਾਂ ਕਲੇਰ ਸਰਪੰਚ ਜਦੋਂ ਬਣਿਆ ਸੀ ਉਦੋਂ ਇੱਥੋਂ ਹਸਪਤਾਲ ਬਦਲਣ ਦੀ ਗੱਲ ਕਰੀ ਸੀ। ਉਹ ਕਹਿੰਦੇ ਹਸਪਤਾਲ ਰੱਖ ਸਕਦੇ, ਬਦਲ ਨਹੀਂ ਸਕਦੇ। ਇੱਥੇ ਜਿਹੜਾ ਇਹਨਾਂ ਨੂੰ ਅਸੀਂ ਇਹ ਆਖਿਆ ਵੀ ਜਿਹੜੀ ਸਾਡੀ ਡਿਫੈਂਸਰੀ ਇਹ ਨਾ ਚੱਕੀ ਜਾਵੇ, ਇੱਥੇ ਜਿੰਨੇ ਮੁਲਾਜ਼ਮ ਪੂਰੇ ਕਰੇ ਜਾਣ। ਪੰਚਾਇਤ ਨੇ ਇਹ ਗੱਲ ਕਹੀ ਵੀ ਆਹ ਦੁਕਾਨਾਂ ਬਣੀਆਂ ਮੈਂ ਪੰਚਾਇਤ ਘਰ 'ਚ ਜਾਂ ਹੋਰ ਜਗ੍ਹਾ ਉਹ ਦੇ ਦਿੰਦੇ ਆ। ਨਹੀਂ ਤੁਹਾਨੂੰ ਜਿੱਥੇ ਚੰਗੀ ਲੱਗਦੀ ਆ, ਜੇ ਗੌਰਮੈਂਟ ਕੋਲ ਪੈਸੇ ਨਹੀਂ ਅਸੀਂ ਬਣਵਾ ਕੇ ਦੇ ਦਿੰਦੇ ਆ ਵੀ ਸਾਡੀ ਇਹ ਬਣੀ ਵੀ ਚੀਜ਼ ਨਾ ਚੱਕੀ ਜਾਵੇ। ਤੇ ਉਦੋਂ ਬਾਅਦ ਜਦੋਂ ਇਹ ਗੱਲਾਂ ਹੋਈਆਂ, ਜਿਹੜੇ ਇਹਨਾਂ ਦੇ ਵਰਕਰ ਸਾਨੂੰ ਕਹਿੰਦੇ ਹੁੰਦੇ ਸੀ ਮਾਨ ਸਾਹਿਬ ਤੋਂ 25 ਬਿਸਤਰਿਆਂ ਦਾ ਹਸਪਤਾਲ ਮੰਗੋ। ਮੈਂ ਕਿਹਾ ਇਹਦੇ 'ਚ ਇਹ ਕੋਟੇ 'ਚ ਹੁੰਦਾ ਨਹੀਂ ਵੀ ਹੁਣ ਤੁਹਾਡੀ ਸਰਕਾਰ ਆ ਗਈ। ਇਹਨਾਂ ਦੇ ਵਰਕਰ ਕਹਿੰਦੇ ਵੀ ਸੀਗਾ ਜਿਹੜੀ ਸਰਪੰਚ ਨੇ ਗੱਲ ਕਹੀ ਵੀ ਤੁਸੀਂ 17 ਮੰਜਾ ਦਾ ਉਹ ਕਹਿੰਦੇ ਸੀ ਹਸਪਤਾਲ ਦੇਵਾਂਗੇ। ਇਹਨੂੰ ਕਹਿੰਦੇ ਝੂਠ ਬੋਲਦਾ। ਫਿਰ ਤਰਖੀ ਕਾ ਕੇ ਕਹਿੰਦਾ ਜੇ ਸਰਪੰਚ ਤੇਰੇ ਛਿੱਤਰ ਮਾਰ ਕੇ ਅੰਦਰ ਕੀਤਾ ਹੁੰਦਾ ਫਿਰ ਤੈਨੂੰ ਪਤਾ ਲੱਗਦਾ। ਇੱਕ ਨੂੰ ਬੋਲਿਆ ਫਿਰ ਪ੍ਰਸ਼ਾਸਨ ਨੇ ਇਹਨੂੰ ਗਾਹਾਂ ਨੂੰ ਕਰ ਲੈਣਾ ਸੀ, ਉਸ 'ਚ ਘੱਟ ਹੁੰਦੀ। ਬਿਲਕੁਲ। ਤਾਂ ਇਹ ਪੂਰੀ ਜਿਹੜੀ ਕਹਾਣੀ ਹੋਈ ਆ ਇੱਥੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇੱਥੇ ਕਾਫੀ ਲੋਕਾਂ ਦੇ ਵਿੱਚ ਰੋਹ ਆ, ਗੁੱਸਾ ਗਾ ਕਿ ਸਾਡੇ ਪਿੰਡ ਦੇ ਸਰਪੰਚ ਨੂੰ ਆਖਰ ਇੱਕ ਐਵੇਂ ਬੋਲ ਕਿਵੇਂ ਗਿਆ। ਜਿਹੜਾ ਵਿਰੋਧ ਸੀਗਾ ਉਸ ਵਿਰੋਧ ਦੇ ਵਿੱਚ ਭਦੌੜ ਹਲਕੇ ਦੇ ਵਿਧਾਇਕ ਇਹ ਕਹਿੰਦੇ ਨਜ਼ਰ ਆਏ ਨੇ ਕਿ ਤੇਰੇ ਥੱਪੜੇ ਮਾਰੇ ਜਾਣਗੇ, ਤੈਨੂੰ ਥੱਲੇ ਸੁੱਟਿਆ ਜਾਊਗਾ। ਉਹ ਕੱਲਾ ਸਰਪੰਚ ਦੇ ਥੱਪੜ ਨਹੀਂ ਵੱਜਿਆ ਜੀ ਵੀਰ ਜੀ, ਉਹ ਸਾਰੇ ਪਿੰਡ ਦੇ ਵੱਜ ਗਿਆ। ਉਹਨਾਂ ਨੇ ਬਹੁਤ ਗਲਤ ਕਰਿਆ। ਸਰਪੰਚ ਸਾਹਿਬ ਦੇ ਨਾਲ ਸਾਰਾ ਪਿੰਡ ਆ ਜੀ ਖੜਾ। ਮਹੱਲਾ ਕਲੀਨਿਕ ਚਾਹੁੰਦੇ ਹੋ ਪਿੰਡ ਦੇ ਵਿੱਚ? ਇਹ ਗੱਲ ਸਾਰੇ ਲੋਕ ਚਾਹੁੰਦੇ ਨੇ। ਸਾਡੇ ਹਸਪਤਾਲ ਸੀਗੇ ਬਣਿਆ ਵੱਡਾ ਹਸਪਤਾਲ ਚੱਕ ਕੇ ਸਰਪੰਚ ਸਾਹਿਬ ਕਹਿੰਦੇ ਸੀ ਇੱਥੇ ਸਾਨੂੰ ਜਗ੍ਹਾ ਦੇ ਦਿਓ, ਬਣੇ ਵੀ ਕਮਰੇ ਇੱਥੇ ਬਣਾ ਲਓ। ਉਹ ਤਾਂ ਇੱਕ ਜਿੱਦਬਾਜ਼ੀ ਵਾਲੀ ਗੱਲ ਹੈ ਜੀ। ਭਗਵੰਤ ਮਾਨ ਨੇ 'ਚ ਵਾਅਦਾ ਵੀ ਕਰਕੇ ਗਿਆ ਸੀ, ਕਹਿੰਦਾ ਮੈਂ 25 ਬਿਸਤਰਿਆਂ ਦਾ ਹਸਪਤਾਲ ਬਣਾਊਂ। ਇਹ ਵੀ ਸਟੇਜ ਤੇ ਬੋਲ ਕੇ ਗਿਆ ਸੀ। ਜੋ ਕੱਲ ਸਰਪੰਚ ਨੇ ਕਿਹਾ ਕਹਿੰਦਾ ਇਹ ਕੀ ਕਰ ਰਹੇ ਹੋ, ਉਹ ਸਰਪੰਚ ਨੂੰ ਪੁੱਠਾ ਬੋਲਿਆ। ਕਹਿੰਦਾ ਤੇਰੇ ਮਾਰ ਕੇ ਲਫੇੜੇ ਤੈਨੂੰ ਅੰਦਰ ਛੱਡਿਆ ਹੋਵੇ, ਤੈਨੂੰ ਫੇਰ ਪਤਾ ਲੱਗੇ। ਇਹ ਕਹਿੰਦਾ ਜੀ ਇੱਥੇ ਫ੍ਰੀ ਟੈਸਟ ਹੋਇਆ ਕਰਨਗੇ। ਇਹਦੇ ਪਿੰਡ ਮਹੱਲਾ ਕਲੀਨਿਕ ਬਣਿਆ, ਜਾ ਕੇ ਪਹਿਲਾਂ ਉੱਥੇ ਦੇਖੋ ਵੀ ਉਹ ਕਿੰਨੇ ਕੁ ਟੈਸਟ ਹੁੰਦੇ ਆ। ਉੱਥੇ ਜਿੰਦਾ ਲੱਗਿਆ ਪਿਆ। ਜਿਹੜਾ ਮਾੜਾ ਮੋਟਾ ਇੱਥੇ ਗਰੀਬ ਜਨਤਾ ਨੂੰ ਸਹੂਲਤ ਮਿਲਦੀ ਸੀ ਉਹ ਵੀ ਗਈ।
ਜੇ ਹੁਣ ਇਹ ਲੋਕ ਦੁਨੀਆ ਉੱਪਰ ਨੂੰ ਜਾ ਰਹੀ ਹੈ, ਸਾਡੇ ਪਿੰਡ ਨੂੰ ਥੱਲੇ ਨੂੰ ਲੈ ਕੇ ਜਾ ਰਹੇ ਆ ਇਹ। ਆਉਣਗੇ ਵੋਟਾਂ ਮੰਗਣ, ਫਿਰ ਕੀ ਉਹਨਾਂ ਨੂੰ ਪੁੱਛੋਗੇ ਕੋਈ ਗੱਲ? ਅਸੀਂ ਤਾਂ ਪਿੰਡ 'ਚ ਵੀ ਨਹੀਂ ਵੜਨ ਦਿੰਦੇ ਜੀ, ਉਹੋ ਜਿਹੇ ਬੰਦੇ ਨੂੰ ਵੀ ਸਾਡੇ ਪਿੰਡ 'ਚ ਖੁਸ਼ੀ ਆਵੇ। ਸਾਰਾ ਪਿੰਡ ਹੀ ਬਾਈਕਾਟ ਕਰੂਗਾ, ਵਾਢਿਆਂ ਲਾ ਉਹਨਾਂ ਦਾ। ਸਾਡਾ ਸਰਪੰਚ ਚੁਣਿਆ ਵਾ, ਸਾਰੇ ਪਿੰਡ ਦਾ ਚੁਣਿਆ ਵਾ। ਇਹ ਥੋੜਾ ਵੀ ਉਹਨੂੰ ਜਦੋਂ ਉਹਦੀ ਹੱਦ ਕਰ ਗਿਆ ਬਾਕੀ ਕੀ ਰਹਿ ਗਿਆ ਪਿੱਛੇ ਸਾਡੇ ਕੋਲ? ਆਪਣੀ ਉਮਰ ਦੇ ਵਿੱਚ ਕਦੇ ਦੇਖਿਆ ਸੀ ਇਹੋ ਜਿਹਾ ਕੁਝ ਐਮਐਲਏ ਵੱਲੋਂ ਸਰਪੰਚ ਨੂੰ ਬੋਲਿਆ ਗਿਆ ਹੋਵੇ? ਅਸੀਂ ਇਹੋ ਜਿਹਾ ਬੰਦਾ ਅੱਜ ਤੱਕ ਦੇਖਿਆ ਹੀ ਨਹੀਂ ਸੀ। ਇਹ ਕਹਿੰਦਾ ਸੀ ਵੀ ਬਦਲਾਓ ਕਰੂੰਗਾ, ਹੁਣ ਥਾਂ ਥਾਂ ਤਾਂ ਚੋਰੀਆਂ ਹੋਈ ਜਾਂਦੀਆਂ, ਥਾਂ ਥਾਂ ਕੋ ਜਿੱਥੇ ਮਰਜ਼ੀ ਲੁੱਟ ਖੋਹ ਹੋਈ ਜਾਂਦੀ ਆ। ਆ ਸਾਡੇ ਪੜਾਂ ਵਾਲੇ ਰਾਹ ਦੇ ਵਿੱਚ ਕੋਈ ਨਹੀਂ ਲੰਘਣ ਦਿੰਦਾ ਹੈ। ਇਹਦੇ ਰਾਜ ਦੇ ਵਿੱਚ ਬਦਲਾਓ ਹੋਇਆ ਵਾ, ਕੁਲਚਿਆਂ ਵਾਲੇ ਤੋਂ ਵੀ ਪੈਸੇ ਖੋਹੀ ਜਾਂਦੇ। ਜੀ ਸਾਡੀ ਸਾਥੋਂ ਗਲਤੀ ਇੱਕ ਬਹੁਤ ਵੱਡੀ ਇਹ ਹੋ ਚੁੱਕੀ ਆ, ਜਿਹਦਾ ਅਸੀਂ ਅੱਜ ਖਮਿਆਜਾ ਭੁਗਤ ਰਹੇ ਹਾਂ ਕਿ ਅਸੀਂ ਵਿਰੋਧੀ ਧਿਰ ਹੀ ਨਹੀਂ ਰੱਖੀ। ਅਸੀਂ 92 ਦੀਆਂ 92 ਸੀਟਾਂ ਇਹਨਾਂ ਨੂੰ ਦੇ ਬੈਠੇ, ਜਦ ਕਿ ਵਿਰੋਧੀ ਧਿਰ ਹੁੰਦੀ ਤਾਂ ਅੱਜ ਇਹ ਇਹਨਾਂ ਗੱਲਾਂ ਤੇ ਨਾ ਉਤਰਦੇ, ਕਿਉਂਕਿ ਹੁਣ ਕੋਈ ਬੋਲਣ ਵਾਲਾ ਹੈ ਹੀ ਨਹੀਂ। ਅਸੀਂ ਬਖਸ਼ਦੇ ਨਹੀਂ ਸੀਗੇ। ਇੱਕ ਬੰਦਾ ਕੱਲ ਤਾਂ ਸਾਨੂੰ ਹੱਥ ਬੰਨ੍ਹ ਕੇ ਵੋਟਾਂ ਮੰਗਦਾ, ਮੇਰੀ ਮਦਦ ਕਰੋ। ਅਗਲੇ ਦਿਨ ਸਾਨੂੰ ਆ ਕੇ ਲਫੇੜੇ ਦਿਖਾਉਂਦਾ, ਕਹਿੰਦਾ ਤੁਹਾਨੂੰ ਜੇਲ੍ਹ 'ਚ ਸਿੱਟਿਆ ਹੋਵੇ, ਫਲਾਨਾ ਕਰਿਆ ਹੋਵੇ। ਉਹਨੂੰ ਅਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ? ਨਹੀਂ ਕਰਦੇ। ਐਸਐਚਓ ਸਾਹਿਬ, ਤੁਸੀਂ ਕੱਲ ਨਾਲ ਸੀਗੇ ਜਿਹੜੀ ਘਟਨਾ ਵਾਪਰੀ ਆ ਇੱਥੇ ਹੋਇਆ ਜੋ ਕੁਝ ਹੋਇਆ? ਤੁਸੀਂ ਕੱਲ ਨਾਲ ਸੀਗੇ ਜਿਹੜਾ ਇੱਥੇ ਕੱਲ ਵਿਧਾਇਕ ਦੇ? ਨਹੀਂ, ਆਪਾਂ ਵੀ ਗੱਲ ਬਹੁਤ ਬਾਹਲੀ ਜ਼ਰੂਰੀ ਆ, ਗੱਲ ਜਿਹੜੀ ਆਪਾਂ ਕਰ ਰਹੇ ਹਾਂ, ਲੋਕਾਂ ਦੀ ਮਸਲਾ ਹੈਗਾ। ਇਹਨੂੰ ਕਦੇ ਵੀ ਗਾਹਾਂ ਨੂੰ ਸਾਡੇ ਪਿੰਡ 'ਚ ਨਾ ਵੜੇ, ਬਸ ਅਸੀਂ ਤਾਂ ਇਹ ਤੋਂ ਬਿਨਾਂ ਹੀ ਚੰਗੇ ਆ। ਕਹਿ ਦਈਏ ਵੀ ਗਾਹਾਂ ਨੂੰ ਨਾ ਬੜੇ ਸਹਿਣੇ 'ਚ, ਕਹਿੰਦੇ ਵੀ ਸਾਡੇ ਪਿੰਡ 'ਚ ਨਾ ਵੜੇ ਐਮਐਲਏ। ਹੁਣ ਪਛਤਾਉਣੇ ਹੋ ਵੀ ਜਾਂ ਬਾਦਲਾਂ ਨੂੰ ਹੀ ਵੋਟ ਪਾ ਕੇ ਜਿਤਾ ਦਿੰਦੇ, ਜਾਂ ਚੰਨੀ ਵਰਗਿਆਂ ਨੂੰ ਜਿਤਾ ਦਿੰਦੇ? ਅਸੀਂ ਤਾਂ ਜਮਾ ਪਛਤਾਉਨੇ ਆ, ਸਾਨੂੰ ਤਾਂ ਪਤਾ ਨਹੀਂ ਸੀ ਵੀ ਅਸੀਂ ਤਾਂ ਕਿ ਵੀ ਗਰੀਬ ਘਰ ਦਾ ਪੁੱਤਾ ਚੱਲ ਬਣਾ ਦਿੰਨੇ ਆ। ਇਹਨੂੰ ਤਾਂ ਸਾਰੇ ਨੂੰ ਜਮਾ ਹੀ ਮੱਤ ਨਹੀਂ। ਮਾਨ ਸਾਹਿਬ, ਤੁਸੀਂ 5 ਲੱਖ ਦਾ ਐਲਾਨ ਕਰਦੇ ਹੋ, ਦੂਜੇ ਪਾਸੇ ਐਮਐਲਏ ਗਾਲਾਂ ਕੱਢ ਰਹੇ ਨੇ। ਕਿਉਂ ਕਰਕੇ ਹਰੇਕ ਆਦਮੀ ਦੇ ਦੁੱਖ ਸੁੱਖ ਸਰਪੰਚ ਸੁਣਦਾ ਹੈ, ਐਮਐਲਏ ਨਹੀਂ ਸੁਣ ਸਕਦਾ, ਐਮਪੀ ਨਹੀਂ ਸੁਣ ਸਕਦਾ, ਹੋਰ ਕੋਈ ਨਹੀਂ ਸੁਣ ਸਕਦਾ। ਸਰਪੰਚ ਹੈ ਜਿਹੜਾ ਸਾਰੇ ਦੁੱਖ ਤਕਲੀਫ ਸੁਣਦਾ ਹੈਗਾ। ਗੱਲ ਕਰੀਏ ਇਹ ਮੁੱਦਾ ਜਿਹੜਾ ਇਹ ਗਾਲਾਂ ਕੱਢੀਆਂ ਗਈਆਂ ਐਮਐਲਏ ਦੇ ਵੱਲੋਂ, ਤੁਸੀਂ ਲੋਕ ਸਭਾ ਦੇ ਵਿੱਚ ਇਹ ਚੁੱਕੋਗੇ? ਜੇ ਟਾਈਮ ਮਿਲਿਆ ਤਾਂ ਚੱਕਾਂਗੇ, ਪਰ ਇਹ ਮੇਰਾ ਮਤਲਬ ਹੋਰ ਬੜੇ ਮੁੱਦੇ ਹੁੰਦੇ ਆ। ਕੱਲੇ ਸਰਪੰਚ ਨੂੰ ਨਾ ਕਹ ਸਾਰੇ ਪਿੰਡ ਨੂੰ ਕੱਢ ਗਏ ਜਾਂ ਇੱਥੇ ਆਏ ਦਿਨ ਬੰਨ ਸਾਡੇ ਨਾਲ, ਅੱਜ ਤੇ ਮਰਜ਼ੀ ਆਏ। ਹਾਂ, ਸਾਰੇ ਐਮਐਲਏ ਲੈਬ ਸ਼ਕਾਬ ਦੇ ਇੰਨੀ ਜ਼ਿਆਦਾ ਪੁਲਿਸ ਬੁਲਾ ਲਈ। ਤੁਹਾਨੂੰ ਪਤਾ ਹੁਣ ਵੀ ਅੱਜ ਗਲਾ ਵੀ ਦੁਖੀ ਜਾਂਦੇ ਆ। ਕੱਲ ਉੱਥੇ ਇੰਨਾ ਰੋਸ ਪ੍ਰਦਰਸ਼ਨ ਹੋਇਆ, ਲੋਕਾਂ ਨੇ ਇੰਨੀ ਭੈੜੀ ਹਾਲਤ ਕੀਤੀ ਵਿਧਾਇਕ ਨਾਲ। ਜਦੋਂ ਉਹਨੇ ਇਹ ਗੱਲ ਕਹੀ ਵੀ ਤੈਨੂੰ ਥੱਪੜ ਮਾਰ ਕੇ ਸੱਤਾ ਦੇ ਨਸ਼ੇ 'ਚ ਕਿਹਾ ਵੀ ਜੇ ਤੈਨੂੰ ਥੱਪੜ ਮਾਰ ਕੇ ਅੰਦਰ ਸਿੱਟਿਆ ਹੁੰਦਾ ਤਾਂ ਤੈਨੂੰ ਪਤਾ ਲੱਗ ਜਾਂਦਾ, ਪਰ ਉਹਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਸੀ। 22,000 ਆਬਾਦੀ ਵਾਲਾ ਇਹ ਕਸਬਾ ਗਾ, ਇੱਥੇ ਮੁਹੱਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਦੀ ਸਾਨੂੰ ਲੋੜ ਨਹੀਂ। ਉਹਦੇ ਪਿਓ ਦੇ ਕਾਤਲ ਨੂੰ ਆਪ ਕਹੇ ਹੋਵੇ ਅੰਦਰ, ਉਹਦਾ ਪਿਓ ਉਹ ਤੋਂ ਮਰਿਆ। ਅਸੀਂ ਕਹਿ ਰਹੇ ਉਹਦੇ ਪਿਓ ਉਹਨੇ ਮਾਰਿਆ ਆਪ। ਕੋਈ ਸਬੂਤ ਹੈ? ਤੁਸੀਂ ਇਹ ਗੱਲ ਬੜੀ ਵੱਡੀ ਕਹਿ ਰਹੇ ਹੋ ਅੱਜ ਇੱਥੇ ਖੜ ਕੇ ਲੋਕਾਂ ਨੇ, ਕਿਉਂਕਿ ਸੋ ਪੰਜਾਬ ਸਰਕਾਰ ਦੇ ਵੱਲੋਂ ਮੁਹੱਲਾ ਕਲੀਨਿਕਾਂ ਦੀ ਗੱਲ ਕਰੀ ਗਈ ਤਾਂ ਮੁਹੱਲਾ ਕਲੀਨਿਕਾਂ ਨੂੰ ਦੇਖਦੇ ਹੋਏ ਪਿੰਡ ਸਹਿਣਾ ਦੇ ਵਿੱਚ ਕੱਲ ਇੱਕ ਵਿਰੋਧ ਦਾ ਸਾਹਮਣਾ ਕਰਨਾ ਪਿਆ। ਤਾਂ ਅਸੀਂ ਅੱਜ ਪਿੰਡ ਸਹਿਣਾ ਦੇ ਵਿੱਚ ਖੜੇ ਹਾਂ, ਤੁਸੀਂ ਦੇਖ ਸਕਦੇ ਹੋ ਇੱਥੇ ਪਿੰਡ ਦੇ ਲੋਕ ਵੀ ਇਕੱਠੇ ਹੋ ਰਹੇ ਨੇ। ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹ ਮੁਹੱਲਾ ਕਲੀਨਿਕ ਚਾਹੁੰਦੇ ਨੇ ਜਾਂ ਨਹੀਂ ਚਾਹੁੰਦੇ। ਤਾਂ ਤੁਸੀਂ ਪਹਿਲਾਂ ਇਹ ਤਸਵੀਰਾਂ ਦੇਖੋ, ਇਸ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪੰਚਾਇਤ ਘਰ ਗ੍ਰਾਮ ਪੰਚਾਇਤ ਸਹਿਣਾ। ਸੰਨ 2020 ਦੇ ਵਿੱਚ ਜਿਹੜਾ ਕਿ ਪੰਚਾਇਤ ਘਰ ਬਣਾਇਆ ਗਿਆ ਸੀ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦੇ ਵੱਲੋਂ, ਤਾਂ ਉਸ ਦਾ ਕੱਲ ਭਦੌੜ ਹਲਕੇ ਦੇ ਵਿਧਾਇਕ ਦੇ ਨਾਲ ਵਿਰੋਧ ਸ਼ੁਰੂ ਹੋ ਗਿਆ। ਜਿਹੜਾ ਵਿਰੋਧ ਸੀਗਾ, ਉਸ ਵਿਰੋਧ ਦੇ ਵਿੱਚ ਭਦੌੜ ਹਲਕੇ ਦੇ ਵਿਧਾਇਕ ਇਹ ਕਹਿੰਦੇ ਨਜ਼ਰ ਆਏ ਨੇ ਕਿ ਤੇਰੇ ਥੱਪੜੇ ਮਾਰੇ ਜਾਣਗੇ, ਤੈਨੂੰ ਥੱਲੇ ਸੁੱਟਿਆ ਜਾਊਗਾ। ਅਜਿਹੀਆਂ ਗੱਲਾਂ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀਆਂ ਨੇ। ਤਾਂ ਅਸੀਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਜਿਵੇਂ ਇੰਡੋਜ਼ ਟੀਵੀ ਤੇ ਅਸੀਂ ਤੁਹਾਨੂੰ ਇੱਕ ਇੰਟਰਵਿਊ ਸੁਖਵਿੰਦਰ ਸਿੰਘ ਕਲਕੱਤਾ ਦੀ ਦਿਖਾਈ ਆ, ਤਾਂ ਉਸ ਇੰਟਰਵਿਊ ਦੇ ਚੱਲਦਿਆਂ ਹੀ ਅਸੀਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕਰੀ, ਪਰ ਵਿਧਾਇਕ ਦਾ ਜਿਹੜਾ ਫੋਨ ਸੀ ਉਹਨਾਂ ਦੇ ਵੱਲੋਂ ਚੁੱਕਿਆ ਨਹੀਂ ਗਿਆ, ਬਿਜੀ ਕਰ ਦਿੱਤਾ ਗਿਆ। ਤਾਂ ਅਜਿਹੀਆਂ ਜਿਹੜੀਆਂ ਕਿ ਅਸੀਂ ਗੱਲਾਂ ਬਾਤਾਂ ਅੱਜ ਇੱਥੋਂ ਦੇ ਲੋਕਾਂ ਦੇ ਨਾਲ ਕਰਾਂਗੇ। ਜਿਹੜੇ ਪਿੰਡ ਦੇ ਵਿੱਚੋਂ 4200 ਵੋਟ ਲਾਭ ਸਿੰਘ ਉਗੋਕੇ ਨੂੰ ਪਈ ਹੋਵੇ, ਤਾਂ ਉਸ ਪਿੰਡ ਦੇ ਸਰਪੰਚ ਦੇ ਨਾਲ ਅਜਿਹੀ ਵਧੀਕੀ ਆਖਰ ਹੋਈ ਕਿਵੇਂ? ਤਾਂ ਅਸੀਂ ਗੱਲਬਾਤ ਕਰਦੇ ਹਾਂ, ਅੰਦਰ ਚੱਲਦੇ ਹਾਂ ਇਸ ਪੰਚਾਇਤ ਘਰ ਦੇ ਵਿੱਚ। ਬਈ ਬਹੁਤ ਬਹੁਤ ਸਵਾਗਤ ਆ ਪਹਿਲਾਂ ਤੁਹਾਡਾ। ਅਸੀਂ ਤੁਹਾਡੇ ਪਿੰਡ ਦੇ ਵਿੱਚ ਪਹੁੰਚੇ ਹਾਂ। ਜਿਹੜੀ ਕੱਲ ਵਧੀਕੀ ਹੋਈ ਆ ਉਸ ਦਾ ਕੀ ਕਾਰਨ ਸੀ, ਕਿਉਂ ਹੋਈ ਆ ਉਹ ਵਧੀਕੀ? ਜੀ ਬਹੁਤ ਜ਼ਿਆਦਾ ਬਹੁਤ ਗਲਤ ਕਰਿਆ ਜੀ ਉਹਨਾਂ ਨੇ। ਜੇ ਉਹ ਸਮੇਂ ਨੂੰ ਦੇਖਦੇ ਹੋਏ ਉਹ ਗੱਲ ਨੂੰ ਟਾਲ ਸਕਦੇ ਸੀਗੇ ਜੀ। ਉਹਨਾਂ ਨੇ ਬਹੁਤ ਗਲਤ ਕਰਿਆ। ਸਰਪੰਚ ਸਾਹਿਬ ਦੇ ਨਾਲ ਸਾਰਾ ਪਿੰਡ ਆ ਜੀ ਖੜਾ, ਤੇ ਉਹਨਾਂ ਦੀ ਬਹੁਤ ਵੱਡੀ ਇਹ ਚੀਜ਼ ਤੇ ਗਲਤੀ ਆ, ਨਲਾਇਕੀ ਆ। ਜੇ ਐਮਐਲਏ
ਆਮ ਲੋਕਾਂ ਨੇ ਚੁਣ ਕੇ ਇਹੋ ਜਿਹਾ ਕੁਝ ਕਰਨਗੇ ਤਾਂ ਲੋਕ ਕਿੱਥੇ ਜਾ ਕੇ ਆਪਣੀ ਸੁਣਵਾਈ ਕਰਨਗੇ। ਬਸ ਮੈਂ ਤਾਂ ਇੰਨਾ ਕਹਿੰਦਾ ਹੋਇਆ ਜੀ। ਬਈ ਜੀ ਮੁਹੱਲਾ ਕਲੀਨਿਕ ਚਾਹੁੰਦੇ ਹੋ ਕਿਉਂਕਿ ਪਿੰਡ ਦਾ ਸਰਪੰਚ ਵੀ ਲੋਕਾਂ ਦੇ ਵੱਲੋਂ ਚੁਣਿਆ ਗਿਆ ਤੇ ਵਿਧਾਇਕ ਵੀ ਲੋਕਾਂ ਦੇ ਵੱਲੋਂ ਚੁਣਿਆ ਗਿਆ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ, ਤਾਂ ਫਿਰ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਕਿਉਂ ਭੱਜੇ ਲਾਭ ਸਿੰਘ ਉਗੋਕੇ? ਤਾਂ ਅਸੀਂ ਇੱਥੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਜੀ ਮੁਹੱਲਾ ਕਲੀਨਿਕ ਚਾਹੁੰਦੇ ਹੋ ਪਿੰਡ ਦੇ ਵਿੱਚ? ਨਹੀਂ ਚਾਹੁੰਦੇ ਜੀ। ਵਾਹਿ ਖਾਲਸਾ ਵਾਹਿ ਕੀ ਫਤਿਹ। ਇਹ ਗੱਲ ਸਾਰੇ ਲੋਕ ਚਾਹੁੰਦੇ ਨੇ। ਸਾਡੇ ਹਸਪਤਾਲ ਸੀਗੇ ਬਣਿਆ ਵੱਡਾ, ਹਸਪਤਾਲ ਚੱਕ ਕੇ ਸਰਪੰਚ ਸਾਹਿਬ ਕਹਿੰਦੇ ਸੀ ਇੱਥੇ ਸਾਨੂੰ ਜਗ੍ਹਾ ਦੇ ਲਓ, ਬਣੇ ਵੀ ਕਮਰੇ ਇੱਥੇ ਬਣਾ ਲਓ। ਉਹ ਤਾਂ ਇੱਕ ਜਿੱਦਬਾਜ਼ੀ ਵਾਲੀ ਗੱਲ ਆ ਜੀ। ਗਲਤ ਸਾਡਾ ਤਾਂ ਹਸਪਤਾਲ ਬਣਿਆ ਵਾ, ਹਸਪਤਾਲ ਚੱਕਦੇ ਆ, ਲਾਉਂਦੇ ਬਣਾਉਂਦੇ ਆ। ਅਸੀਂ ਤਾਂ ਮੰਨਦੇ ਨਹੀਂ ਇਹ ਗੱਲ ਨੂੰ। ਅਸੀਂ ਤਾਂ ਕਹਿੰਦੇ ਸਾਡੀ ਚਾਹੀਦੀ ਨਹੀਂ ਇਹ ਹਸਪਤਾਲ ਹੈਗਾ ਸਾਡੇ ਕੀ ਲੋੜ ਹੈ। ਜਿਹੜੇ ਥੱਪੜੇ ਮਾਰਨ ਦੀ ਗੱਲ ਕਰੀ ਲਾਭ ਸਿੰਘ ਉਗੋਕੇ ਦੇ ਵੱਲੋਂ, ਬਹੁਤ ਗਲਤ ਗੱਲ ਕਰੀ। ਸਾਰੇ ਪਿੰਡ ਨੂੰ ਕਿਹਾ ਜੀ ਕਿ ਸਰਪੰਚ ਥੋੜ੍ਹੋ ਕਿਹਾ ਚੁਣਿਆ ਵਾ, ਤਾਂ ਸਰਪੰਚ ਪਿੰਡ ਦਾ ਹੀ ਆ ਨਾ। ਚੁਣੇ ਬੰਦੇ ਨੂੰ ਕਹਿਣਾ, ਸਰਪੰਚ ਨੂੰ ਕਹਿਣਾ, ਤਾਂ ਸਾਨੂੰ ਕਿਹਾ, ਤਾਂ ਸਾਰੇ ਪਿੰਡ ਨੂੰ ਕਿਹਾ ਜੀ। ਹਾਂ ਗਲਤ ਕਿਹਾ ਸਾਨੂੰ, ਬਹੁਤ ਗਲਤ ਕਰਿਆ ਜੀ। ਹਾਂਜੀ ਉਹ ਕੱਲਾ ਸਰਪੰਚ ਦੇ ਥੱਪੜ ਨਹੀਂ ਵੱਜਿਆ ਜੀ ਵੀਰ ਜੀ, ਉਹ ਸਾਰੇ ਪਿੰਡ ਦੇ ਵੱਜ ਗਿਆ। ਬਾਕੀ ਉਹ ਜਿੱਥੇ ਉਹਨਾਂ ਨੇ ਮੁਹੱਲਾ ਕਲੀਨਿਕ ਬਣਾਇਆ, ਉਹ ਜਿਹੜੀ ਇਹ ਬਿਲਡਿੰਗ ਆ ਉਹ ਅੰਗਰੇਜ਼ਾਂ ਦੇ ਟਾਈਮ ਦੀ ਬਣੀ ਹੋਈ ਆ। ਉਹਦੇ ਤੇ 2 ਪੀਪੀਆਂ ਰੰਗ ਦੀਆਂ ਕਰਕੇ ਤੇ 2000 ਲੋਕੇਟ ਲਾ ਕੇ ਉਸੇ ਨੂੰ ਦੁਬਾਰੇ ਇਹਨਾਂ ਨੇ ਤਿਆਰ ਕੀਤਾ। ਜਦ ਕਿ ਸਰਪੰਚ ਸਾਹਿਬ ਨੇ ਇਹ ਗੱਲ ਆਖੀ ਸੀ ਵੀ ਤੁਸੀਂ ਬਣਾਉਣਾ ਜੀ ਸਦਕੇ ਬਣਾਓ, ਕੋਈ ਇਤਰਾਜ਼ ਨਹੀਂ ਸਾਨੂੰ, ਤੁਹਾਨੂੰ ਜਗ੍ਹਾ ਦੇ ਦਿੰਨੇ ਆ। ਜੇ ਤੁਸੀਂ ਤੁਹਾਡੇ ਕੋਲੇ ਬਣਾਉਣ ਨੂੰ ਪੈਸੇ ਨਹੀਂ ਹੈਗੇ, ਅਸੀਂ ਤੁਹਾਨੂੰ ਬਣੀ ਬਣਾਈ ਬਿਲਡਿੰਗ ਦੇ ਦਿੰਨੇ ਆ। ਤੇ ਇਹਦੇ ਉੱਪਰ ਹੋਰ ਉਹਨਾਂ ਨੂੰ ਕੀ ਚਾਹੀਦਾ ਸੀ? ਜਦ ਕਿ ਸਰਪੰਚ ਸਾਹਿਬ ਨੇ ਇਹ ਕਹਿਤਾ ਸੀ 1 ਤੋਲਾ 골ਡ ਦੇ ਨਾਲ ਸਨਮਾਨਿਤ ਕਰਾਂਗੇ ਅਸੀਂ ਐਮਐਲਏ ਸਾਹਿਬ ਨੂੰ। ਹੋਰ ਇਹਦੇ ਉੱਪਰ ਦੀ ਉਹਨਾਂ ਨੂੰ ਕੀ ਚਾਹੀਦਾ ਸੀ? ਉਹ ਤਾਂ ਇੱਕ ਗੁੰਡਾਗਰਦੀ ਵਾਲਾ ਕੰਮ ਹੈ ਜੀ ਜਿਹੜਾ ਉਹ ਕਰਕੇ ਗਏ ਨੇ ਪਹਿਲੀਆਂ ਸਰਕਾਰਾਂ ਵਾਂਗੂ ਜਮਾ ਜੀ। ਇਹ ਤਾਂ ਪਹਿਲੀਆਂ ਦਾ ਵੀ ਰਿਕਾਰਡ ਤੋੜਤਾ, ਪਹਿਲੀਆਂ ਦੇ ਵੀ ਰਿਕਾਰਡ ਤੋੜਤਾ। ਆ ਪੱਖੋ ਇਹ ਕਹਿੰਦਾ ਜੀ ਇੱਥੇ ਫ੍ਰੀ ਟੈਸਟ ਹੋਇਆ ਕਰਨਗੇ। ਇਹਦੇ ਪਿੰਡ ਮੁਹੱਲਾ ਕਲੀਨਿਕ ਬਣਿਆ, ਜਾ ਕੇ ਪਹਿਲਾਂ ਉੱਥੇ ਦੇਖੋ ਵੀ ਉਹ ਕਿੰਨੇ ਕੁ ਟੈਸਟ ਹੁੰਦੇ ਆ। ਉੱਥੇ ਜਿੰਦਾ ਲੱਗਿਆ ਪਿਆ। ਪੱਖੋ ਪਿੰਡ ਆ ਜੀ, ਉੱਥੇ ਜਿੰਦਾ ਲੱਗ ਗਿਆ। ਤੇ ਇੱਥੋਂ ਜਦੋਂ ਇਹਨੇ ਮੁਹੱਲਾ ਕਲੀਨਿਕ ਬਣਾਇਆ, ਉੱਥੇ ਸਾਡੇ ਪਿੰਡੋਂ ਡਾਕਟਰ ਚਲਾ ਗਿਆ। ਜਿਹੜਾ ਮਾੜਾ ਮੋਟਾ ਇੱਥੇ ਗਰੀਬ ਜਨਤਾ ਨੂੰ ਸਹੂਲਤ ਮਿਲਦੀ ਸੀ ਉਹ ਵੀ ਗਈ। ਜੇ ਹੁਣ ਇਹ ਲੋਕ ਦੁਨੀਆ ਉੱਪਰ ਨੂੰ ਜਾ ਰਹੀ ਹੈ, ਸਾਡੇ ਪਿੰਡ ਨੂੰ ਥੱਲੇ ਨੂੰ ਲੈ ਕੇ ਜਾ ਰਹੇ ਆ। ਇਹ 100 ਬਿਸਤਰੇ ਦਾ ਪਾਸ ਹੋਇਆ ਵਾ ਹਸਪੀਟਲ ਆ ਜੀ, ਤੇ ਬਣ ਰਿਹਾ ਮੁਹੱਲਾ ਕਲੀਨਿਕ। 18000 ਵੋਟ ਦਾ ਇਹ ਪਿੰਡ ਆ। ਬਿਲਕੁਲ ਹੈ ਜੀ, 18000 ਵੋਟ ਪਿੰਡ ਮੁਹੱਲਾ ਕਲੀਨਿਕ, ਤਾਂ ਫਿਰ ਪਿੰਡ ਕਿਹੜਾ ਰਹਿ ਜਾਊਗਾ? ਤੁਸੀਂ ਜਦੋਂ ਇਹਨਾਂ ਨੂੰ ਜਿਤਾਇਆ ਇਹ ਕਹਿੰਦੇ ਸੀ ਕਿ ਅਸੀਂ ਇੱਥੇ ਬੈਠੇ ਰਿਹਾ ਕਰਾਂਗੇ, ਸੈਣੇ ਦੇ ਵਿੱਚੋਂ ਜਾਇਆ ਨਹੀਂ ਕਰਨਾ, ਲੋਕ ਆਖਣਗੇ ਕਿ ਇੱਥੋਂ ਤੁਰ ਜਾਓ। ਬਾਈ ਜੀ ਸਾਥੋਂ ਗਲਤੀ ਇੱਕ ਬਹੁਤ ਵੱਡੀ ਇਹ ਹੋ ਚੁੱਕੀ ਆ, ਜਿਹਦਾ ਅਸੀਂ ਅੱਜ ਖਮਿਆਜਾ ਭੁਗਤ ਰਹੇ ਹਾਂ ਕਿ ਅਸੀਂ ਵਿਰੋਧੀ ਧਿਰ ਹੀ ਨਹੀਂ ਰੱਖੀ। ਅਸੀਂ 92 ਦੀਆਂ 92 ਸੀਟਾਂ ਇਹਨਾਂ ਨੂੰ ਦੇ ਬੈਠੇ, ਜਦ ਕਿ ਵਿਰੋਧੀ ਧਿਰ ਹੁੰਦੀ ਤਾਂ ਅੱਜ ਇਹ ਇਹਨਾਂ ਗੱਲਾਂ ਤੇ ਨਾ ਉਤਰਦੇ, ਕਿਉਂਕਿ ਹੁਣ ਕੋਈ ਬੋਲਣ ਵਾਲਾ ਹੈ ਹੀ ਨਹੀਂ। ਇਹ ਮਨਾਹੀਆਂ ਕਰ ਰਹੇ ਆ, ਜਿੱਦਾਂ ਇਹਨਾਂ ਦੇ ਦਿਲ ਕਰਦਾ ਉਦਾਂ ਹੀ ਇਹ ਕਰਦੇ ਆ। ਬਿਲਕੁਲ ਬਈ, ਕੀ ਲੱਗਦਾ ਇਹੀ ਸੀ ਦਿੱਲੀ ਮਾਡਲ ਜਿਹੜਾ ਪਿੰਡ ਦੇ ਸਰਪੰਚ ਨੂੰ ਕਿਹਾ ਗਿਆ ਕਿ ਅਸੀਂ ਥੱਪੜ ਮਾਰ ਦਿਆਂਗੇ? ਇਹ ਬਹੁਤ ਗਲਤ ਮੰਦਭਾਗੀ ਇਹਨਾਂ ਦੀ ਉਹ ਆ ਜਿਹੜੀ ਬੋਲਿਆ, ਬਹੁਤ ਗਲਤ ਬੋਲਿਆ। ਇਹ ਸਾਰੇ ਪਿੰਡ ਦੇ ਮੂੰਹ ਤੇ ਚਪੇੜ ਮਾਰਨ ਵਾਲਾ ਕੰਮ ਕੀਤਾ ਇਹਨਾਂ ਨੇ, ਤੇ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਕੀਤਾ ਸੀਗਾ, ਵੋਟਾਂ ਪਾਈਆਂ ਸੀਗੀਆਂ। ਤੇ ਜਿਹੜਾ ਦਿੱਲੀ ਮਾਡਲ ਤਾਂ ਬਹੁਤ ਦੂਰ ਦੀ ਗੱਲ ਆ। ਇਹਨੇ ਪੰਜਾਬ ਦਾ ਮਾਡਲ ਵੀ ਨਹੀਂ ਰਹਿਣ ਦਿੱਤਾ। ਇਹ ਜਿਹੜਾ ਪਹਿਲਾਂ ਸਰਕਾਰਾਂ ਨੇ ਜਿਵੇਂ ਬਣਿਆ ਆ ਰਿਹਾ ਸੀਗਾ, ਬਹੁਤ ਸਾਲਾਂ ਤੋਂ ਸਾਡੇ ਸਰਕਾਰੀ ਹਸਪਤਾਲ ਬਣਿਆ ਹੋਇਆ ਸੀਗਾ, ਉਹਨੂੰ ਮੁਹੱਲਾ ਕਲੀਨਿਕ ਦੇ ਵਿੱਚ ਬਦਲ ਦਿੱਤਾ ਗਿਆ। ਇਹ ਹਾਂਜੀ ਅਸੀਂ ਤਾਂ ਇਹਨੂੰ ਚਾਹੁੰਦੇ ਨਹੀਂ ਵੀ ਸਾਡੇ ਬਣੇ, ਸਾਨੂੰ ਲੋੜ ਨਹੀਂ, ਸਾਡੇ ਹਸਪਤਾਲ ਹੈਗਾ। ਬਿਲਕੁਲ, ਤਾਂ ਪਿੰਡ ਦੇ ਲੋਕ ਹੀ ਨਹੀਂ ਚਾਹੁੰਦੇ ਕਿ ਸਾਡੇ ਮੁਹੱਲਾ ਕਲੀਨਿਕ ਬਣੇ, ਤਾਂ ਫਿਰ ਕੀ ਇਹ ਥੋਪਿਆ ਜਾ ਰਿਹਾ ਮੁਹੱਲਾ ਕਲੀਨਿਕ ਇਹਨਾਂ ਪਿੰਡ ਵਾਸੀਆਂ ਦੇ ਉੱਪਰ? ਤਾਂ ਇਹ ਵੀ ਇੱਕ ਗੱਲਬਾਤ ਕਰਾਂਗੇ। ਜਿਹੜੇ ਮੁਹੱਲਾ ਕਲੀਨਿਕਾਂ ਦਾ ਰੌਲਾ ਪਾਇਆ ਜਾ ਰਿਹਾ, ਅਸੀਂ ਕੱਲੇ ਪਿੰਡ ਦੇ ਵਿੱਚ ਜਾਵਾਂਗੇ। ਜਿਹੜੇ ਪਿੰਡਾਂ ਦੇ ਵਿੱਚ ਪਹਿਲਾਂ ਡਿਸਪੈਂਸਰੀਆਂ ਬਣੀਆਂ ਹੋਈਆਂ ਜਾਂ ਜਿਹੜੇ ਪਿੰਡਾਂ ਦੇ ਵਿੱਚ ਪਹਿਲਾਂ ਸੇਵਾ ਕੇਂਦਰ ਬਣੇ ਹੋਏ ਨੇ, ਉਹਨਾਂ ਸੇਵਾ ਕੇਂਦਰਾਂ ਦੇ ਉੱਪਰ ਕਈ ਥਾਵਾਂ ਤੇ ਰੰਗ ਮਾਰਦੇ ਹੋਏ ਅਸੀਂ ਤੁਹਾਨੂੰ ਪਹਿਲਾਂ ਵੀ ਤਸਵੀਰਾਂ ਦਿਖਾ ਦਿੱਤੀਆਂ ਨੇ। ਡਿਸਪੈਂਸਰੀਆਂ ਦੇ ਉੱਪਰ ਵੱਡੇ ਵੱਡੇ ਪੋਸਟਰ ਲਗਾਉਂਦੇ ਅਸੀਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਹਾਂ। ਤਾਂ ਇੱਥੇ ਲੋਕ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ। ਆਹੀ ਪਿੰਡ ਆ ਬਈ? ਹਾਂ ਜੀ, ਸਣੀ ਕੱਲ ਸਰਪੰਚ ਦੇ ਨਾਲ ਜਿਹੜੀ ਕਿ ਵਧੀਕੀ ਹੋਈ ਆ, ਆਪਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੈਗਾ। ਐਡਾ ਰੌਲਾ ਪੈ ਗਿਆ, ਪੂਰਾ ਪੰਜਾਬ ਚੱਲ ਗਿਆ ਜੀ, ਲਾਮ ਗਿਆ ਜੀ ਕੱਲ ਮੈਂ ਜੀ। ਅੱਜ ਫਿਰ ਕਿਹਦੇ ਹੱਕ ਚ ਆਏ ਹੋ ਇੱਥੇ? ਤੁਹਾਨੂੰ ਪਤਾ ਬਾਈ ਵਾਂਗੂ ਕਿਤੇ ਇਹ ਨਾ ਹੋਵੇ ਵੀ ਪਤਾ ਹੀ ਨਹੀਂ ਹੈਗਾ? ਪਤਾ ਹੈਗਾ। ਹਸਪੀਟਲ ਸਾਡੇ 2 ਆ, ਇੱਕ ਹੈਗਾ ਉਧਰ ਆਪਣਾ ਨਹਿਰ ਵਾਲੇ ਉਹ ਪੁਲ ਤੇ ਇੱਧਰ ਅੱਡੇ ਦੇ ਉੱਤੇ ਆ, ਇੱਕ ਇੱਧਰ ਹੈਗਾ। ਤੇ ਜਾਣੇ ਦੀ ਮੁਹੱਲਾ ਕਲੀਨਿਕ ਸਰਪੰਚ ਸਾਹਿਬ ਕਹਿੰਦੇ ਸੀ ਵੀ ਇੱਥੇ ਬਣਾ ਲਓ, ਵੀ ਉੱਥੇ ਸਾਨੂੰ ਵੱਡਾ ਡਾਕਟਰ ਦੇ ਦਿਓ, ਵੀ ਜਾਣੇ ਦੀ 28 ਬਿਸਤਰਿਆਂ ਦਾ ਹਸਪੀਟਲ ਬਣਾਓ। ਮੁਹੱਲਾ ਕਲੀਨਿਕ ਬਣਾਉਣੇ ਇੱਥੇ ਬਣਾਓ, ਨਹੀਂ ਪਿੰਡਾਂ ਦੇ ਵਿੱਚ ਬਣਾਓ। ਜਿਵੇਂ ਇਹਦਾ ਪਿੰਡ ਆ ਛੋਟਾ ਜਿਹਾ, ਛੋਟੇ ਪਿੰਡ ਆ, 20,000 ਦੇ ਲਗਭਗ ਵੋਟ ਆ ਇੱਥੇ, ਤੇ ਵੀ ਸਾਨੂੰ ਵੱਡਾ ਡਾਕਟਰ ਚਾਹੀਏ। ਇਹਨਾਂ ਨੇ ਮੁਹੱਲਾ ਕਲੀਨਿਕ ਬਣਾਉਣੀ ਸੀ ਤਾਂ ਇੱਥੇ ਬਣਾ ਲੈਂਦੇ। ਸਰਪੰਚ ਨੂੰ ਬਹੁਤ ਗਲਤ ਬੋਲਿਆ
ਇਹ ਬਹੁਤ ਮਾੜੀ ਗੱਲ ਆ ਉਹਦੀ। ਬਿਲਕੁਲ। ਤਾਂ ਇਹ ਵੀ ਇੱਥੇ ਦੱਸਿਆ ਜਾ ਰਿਹਾ ਕਿ ਕੱਲ ਪਿੰਡ ਦੇ ਬੰਦਿਆਂ ਨੂੰ ਫੋਰਸ ਲਗਾਈ ਗਈ ਹੈਗੀ, ਇੱਥੇ ਕਮਾਂਡੋ ਮੰਗਾਈ ਗਿਆ, ਅਜਿਹਾ ਕੁਝ ਹੋਇਆ ਇੱਥੇ? ਬਾਈ ਜੀ ਇਹ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਇੱਕ ਐਮਐਲਏ ਆਵੇ ਉਦਘਾਟਨ ਕਰਨ ਵਾਸਤੇ ਔਰ ਬਾਹਰ ਧਰਨਾ ਲੱਗਿਆ ਹੋਇਆ, ਔਰ ਉਹਨਾਂ ਬੰਦਿਆਂ ਨੇ ਜਦੋਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਰੋਕਿਆ ਗਿਆ, ਗੇਟ ਲਾ ਦਿੱਤਾ ਗਿਆ। ਤੇ ਫਿਰ ਉਹਦਾ ਉਦਘਾਟਨ ਕਰਨ ਦਾ ਕਿਹਨੂੰ ਦਿਖਾਉਣ ਆਇਆ ਸੀ ਉਦਘਾਟਨ ਕਰਕੇ? ਉਹ ਇਕੱਲਾ ਹੀ ਕਰਕੇ ਗਿਆ ਔਰ ਆਪਦੇ ਪ੍ਰਸ਼ਾਸਨ ਦੇ ਜ਼ੋਰ ਨਾਲ ਕਰਕੇ ਗਿਆ। ਜੇ ਆਪਾਂ ਕਹਿ ਦਈਏ ਵੀ ਉਹ ਜਨਤਾ ਦੇ ਵਿੱਚ ਆ ਕੇ ਉਦਘਾਟਨ ਕਰਕੇ ਗਿਆ, ਇਹਨੂੰ ਉਦਘਾਟਨ ਨਹੀਂ ਅਸੀਂ ਮੰਨਦੇ। ਜਿਹੜਾ ਪ੍ਰਸ਼ਾਸਨ ਦੀ ਤੁਸੀਂ ਗੱਲ ਕਰੀ ਆ, ਸੈਣੇ ਦੇ ਪੁਲਿਸ ਵਾਲੇ ਸੀਗੇ ਨਾਲ? ਸੈਣੇ ਦੇ ਵੀ ਸੀਗੇ, ਬਾਹਰ ਦੀ ਵੀ ਆਈ, ਬਰਨਾਲੇ ਤੋਂ ਵੀ ਸੀਗੇ ਜੀ ਪੁਲਿਸ ਵਾਲੇ, ਤਾਂ ਮੁਲਾਜ਼ਮ ਆਏ ਹੋਏ ਸੀਗੇ, ਤਹਿਸੀਲਦਾਰ ਸੀ, ਐਸਡੀਐਮ ਸੀ, ਆਪਣਾ ਸਿਵਲ ਸਰਜਨ ਸੀਗਾ ਜੀ। ਬਿਲਕੁਲ। ਤਾਂ ਅਸੀਂ ਇੱਥੇ ਸਿਕਿਉਰਿਟੀ ਵੀ ਆਈ ਆ, ਪੁਲਿਸ ਪ੍ਰਸ਼ਾਸਨ ਵੀ ਆਇਆ ਹੋਇਆ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸੈਣੇ ਦਾ ਜਿਹੜਾ ਐਸਐਚਓ ਆ ਉਹ ਵੀ ਇੱਥੇ ਆਇਆ ਹੋਇਆ ਮੌਜੂਦ ਆ, ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਾਂਗੇ, ਗੱਲਬਾਤ ਕਰਾਂਗੇ। ਇਸੇ ਤਹਿਤ ਹੀ ਅਸੀਂ ਅੱਜ ਜਿਹੜੀ ਪੂਰੀ ਜਿਹੜੀ ਤਸਵੀਰ ਆ ਇਹ ਪਿੰਡ ਦੇ ਲੋਕਾਂ ਦੀ ਦਿਖਾ ਰਹੇ ਹਾਂ। ਕੁਲਦੀਪ ਇਧਰਲੇ ਪਾਸੇ ਨੂੰ ਕੈਮਰਾ ਦਿਖਾ ਦੇ ਉਰੇ ਖੜ ਕੇ, ਕਿਉਂਕਿ ਸਾਰੇ ਲੋਕ ਖੜੇ ਨੇ, ਇਹ ਸਾਰੇ ਲੋਕ ਪਿੰਡ ਸੈਣੇ ਦੇ ਨੇ, ਜਿਹੜੇ ਪਿੰਡ ਦੇ ਵਿੱਚੋਂ ਜਿਤਾਇਆ ਗਿਆ ਹੋਵੇ, ਜਿਹੜੇ ਪਿੰਡ ਦੇ ਵਿੱਚੋਂ 4200 ਤੋਂ ਵੱਧ ਵੋਟ ਲਾਭ ਸਿੰਘ ਉਗੂਕੇ ਨੂੰ ਪਈ ਹੋਵੇ, ਤਾਂ ਉਸੇ ਪਿੰਡ ਦੇ ਸਰਪੰਚ ਨੂੰ ਅਜਿਹੀ ਗੱਲ ਕਹੀ ਗਈ ਕਿ ਅਸੀਂ ਤੇਰੇ ਥੱਪੜ ਮਾਰਾਂਗੇ, ਅਸੀਂ ਤੈਨੂੰ ਅੰਦਰ ਸੁੱਟ ਦਿਆਂਗੇ, ਅਜਿਹੀਆਂ ਗੱਲਾਂ ਕਹੀਆਂ ਗਈਆਂ। ਬਾਬਾ ਕੱਲ ਬਹੁਤ ਵਧੀਕੀ ਹੋਈ ਆ ਪਿੰਡ ਨਾਲ, ਪਤਾ ਨਹੀਂ ਤੁਹਾਨੂੰ? ਖੇਤ ਕਿਹੜਾ ਇੰਗਲੈਂਡ 'ਚ ਹੋਣਾ, ਇੱਥੇ ਖੇਤ ਆ ਪਿੰਡ ਦੇ ਵਿੱਚ, ਪਤਾ ਤਾਂ ਹੋਊ ਮਾੜਾ ਮੋਟਾ ਵੀ ਕੀ ਗੱਲਬਾਤ ਹੋਈ ਆ, ਪਤਾ ਨਹੀਂ ਬਈ ਤੁਹਾਨੂੰ ਪਤਾ ਕੁਛ? ਹਾਂਜੀ, ਬਹੁਤ ਮੰਦਭਾਗੀ ਗੱਲ ਹੈ ਜੀ ਇਹ, ਜਿਹੜੀ ਸਰਪੰਚ ਨੂੰ ਥੱਪੜ ਮਾਰਨ ਵਾਲੀ ਗੱਲ ਕਹੀ ਗਈ ਉਹਨਾਂ ਦੇ ਵਾਸਤੇ, ਤੇ ਗਲਤ ਆ ਜੀ ਪਿੰਡ ਲਾਭ ਸਿੰਘ ਉਗੂਕੇ ਵਾਸਤੇ ਜੀ। ਤੇ ਉਹ ਹਸਪੀਟਲ ਤਾਂ ਮਸਾ ਹਸਪੀਟਲ ਮਿਲਿਆ ਹੋਇਆ ਜੀ, ਉਸ ਨੂੰ ਕਿੱਥੇ ਅਪਗ੍ਰੇਡ ਕਰਕੇ ਵੱਡਾ ਕਰਨਾ ਚਾਹੀਦਾ ਸੀਗਾ ਜੀ, ਉਹਨੂੰ ਨੀਚੇ ਲੈ ਕੇ ਆ ਰਿਹਾ, ਥੱਲੇ ਆ ਗਿਆ। ਉੱਥੇ ਇਹ ਵੀ ਕਿਹਾ ਗਿਆ ਵੀ ਉਹਨਾਂ ਨੂੰ ਜਗ੍ਹਾ ਪਾਸੇ ਤੇ ਜਗ੍ਹਾ ਦੇ ਦਿੰਦੇ ਹੈਗੇ, ਵੀ ਕਿਤੇ ਵੀ ਬਣਾ ਲਓ ਪਾਸੇ ਤੇ ਜਗ੍ਹਾ, ਜੇ ਨਹੀਂ ਤੁਹਾਡੇ ਕੋਲ ਅਸੀਂ ਜਗ੍ਹਾ ਪਈ ਬਿਲਡਿੰਗ ਵੀ ਦੇ ਦਿੰਦੇ ਹੈਗੇ। ਇਸ ਕਰਕੇ ਉਹਨੂੰ, ਤੇ ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਪਹਿਲਾਂ ਕਿਹਾ ਜੀ ਵੀ 17 ਬਿਸਤਰੇ ਦਾ ਹਸਪਤਾਲ ਦੇਵਾਂਗੇ, ਤੇ ਇਸ ਗੱਲ ਤੇ ਉਹ ਗਰਮ ਹੋ ਗਿਆ ਵੀ ਉਦੋਂ ਥੱਪੜ ਮਾਰ ਕੇ ਉਹਨੂੰ ਅੰਦਰ ਛੱਡ ਦਿਆਂਗੇ, ਤੇ ਬਹੁਤ ਗਲਤ ਗੱਲ ਹੈ ਜੀ। ਬਿਲਕੁਲ। ਤਾਂ ਹਰ ਕੋਈ ਇਹੀ ਕਹਿ ਰਿਹਾ ਕਿ ਬਹੁਤ ਗਲਤ ਗੱਲ ਹੈ। ਇੱਥੇ ਅਸੀਂ ਨੌਜਵਾਨਾਂ ਦੇ ਨਾਲ ਵੀ ਗੱਲ ਕਰਾਂਗੇ, ਇੱਥੇ ਬਜ਼ੁਰਗਾਂ ਦੇ ਨਾਲ ਜਿੱਥੇ ਅਸੀਂ ਗੱਲ ਕਰ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ ਪੰਚਾਇਤ ਘਰ ਦੀ, ਜਿਹੜੇ ਪੰਚਾਇਤ ਘਰ ਦੇ ਉੱਪਰ ਜਦੋਂ ਅਸੀਂ ਸੁਖਵਿੰਦਰ ਸਿੰਘ ਕਲਕੱਤੇ ਦੇ ਨਾਲ ਗੱਲ ਕਰੀ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਪਿੰਡ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਇਸ ਪੰਚਾਇਤ ਘਰ ਦੇ ਉੱਪਰ ਲਗਾਏ ਨੇ। ਸਰਕਾਰ ਦੇ ਵੱਲੋਂ ਜੋ ਫੰਡ ਆਇਆ ਸੀ, ਪਹਿਲੀਆਂ ਸਰਕਾਰਾਂ ਦੇ ਵੱਲੋਂ ਉਹ ਫੰਡ ਵੱਖਰਾ ਸੀ, ਪਰ ਅਸੀਂ ਪਿੰਡ ਦੇ ਵਿੱਚੋਂ ਵੀ ਪੈਸੇ ਇਕੱਠੇ ਕਰਕੇ ਇਸ ਨੂੰ ਇੱਕ ਪੰਚਾਇਤ ਘਰ ਦਾ ਰੂਪ ਦਿੱਤਾ। ਬਾਈ ਨੌਜਵਾਨ ਨੂੰ ਕੱਲ ਜਿਹੜੀ ਘਟਨਾ ਵਾਪਰੀ ਤੁਹਾਡੇ ਪਿੰਡ ਦੇ ਵਿੱਚ, ਉਸ ਬਾਰੇ ਜਾਣੂ? ਹਾਂਜੀ, ਜਾਣੂ। ਕੀ ਲੱਗਦਾਗਾ ਪਿੰਡ ਦੇ ਲੋਕਾਂ ਨੇ ਇੰਨਾ ਮਾਣ ਸਨਮਾਨ ਦਿੱਤਾ ਤੇ ਉਹਨਾਂ ਨੇ ਤੁਹਾਨੂੰ ਮਾਣ ਸਨਮਾਨ ਦਾ ਜਵਾਬ ਦਿੱਤਾ ਐਮਐਲਏ ਨੇ? ਨਹੀਂ ਜੀ, ਅਸੀਂ ਮਤਾ ਹੀ ਪਤਾ ਸੀ ਕਾਰਵਾਈ 'ਚ ਵੀ ਅਸੀਂ ਜਗ੍ਹਾ ਦੇਣ ਨੂੰ ਇੱਥੇ ਵੀ ਤਿਆਰ ਸੀਗੇ ਜੀ, ਤੇ ਉਹਨਾਂ ਨੇ ਕੱਲ ਜੋ ਕੀਤਾ ਜੀ ਮਾੜਾ ਕੀਤਾ ਜੀ। ਉਹ ਸਰਪੰਚ ਸਾਹਿਬ ਅੰਦਰ ਬੈਠੇ ਨੇ, ਸਰਪੰਚ ਸਾਹਿਬ ਦੇ ਨਾਲ ਸਾਡੀ ਗੱਲਬਾਤ ਹੋਈ ਸੀ, ਸਰਪੰਚ ਸਾਹਿਬ ਨੂੰ ਕਾਫੀ ਜਿਹੜਾ ਕਿ ਭਾਵੁਕ ਵੀ ਹੋਏ ਨੇ ਰਾਤ ਸਾਡੇ ਕੋਲ ਬੈਠੇ। ਮੈਂ ਜੀ ਪੰਚਾਇਤ ਮੈਂਬਰ ਆ, ਮੈਂ ਵੀ ਪੰਚਾਇਤ 'ਚ ਹੀ ਹਾਂ ਜੀ, ਜ਼ਿਆਦਾ ਬੋਲ ਲਿਆ ਨਹੀਂ ਜੀ, ਬਾਕੀ ਇੱਧਰ ਵਿਊ ਲੈ ਲਓ ਜੀ ਇਹਨਾਂ ਦੇ। ਬਿਲਕੁਲ। ਤਾਂ ਇਹ ਜਿਹੜੀ ਅਸੀਂ ਮੁਲਾਕਾਤ ਇੱਥੇ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਇੱਥੇ ਹਰ ਇੱਕ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਬਾਬਾ ਕੱਲ ਜਿਹੜਾ ਕੁਝ ਵਾਪਰਿਆ ਇੱਥੇ, ਕੱਲ ਤੁਸੀਂ ਮੌਜੂਦ ਸੀ, ਇੱਥੇ ਹੈਗੇ ਸੀਗੇ? ਅਸੀਂ ਲੇਟ ਗਏ ਆ ਜੀ ਬਾਵਾ। ਹਾਂ, ਉਹ ਤਾਂ ਜਾਂਦਿਆਂ ਨੂੰ ਕੰਮ ਚੱਲੀ ਜਾਂਦਾ ਸੀਗਾ, ਉਹ ਕਹਿੰਦੇ ਵੀ ਅਸੀਂ ਉਹ ਛੋਟਾ ਕਰਨਾ ਹੈ, ਅਸੀਂ ਕਹਿੰਦੇ ਵੀ ਇਹ ਤਾਂ ਕੰਮ ਤੁਹਾਡਾ ਠੀਕ ਨਹੀਂ ਆ, ਤੁਸੀਂ ਇਹਨੂੰ ਇਹ ਤੋਂ ਵੱਡਾ ਬਣਾਓ। ਭਗਵੰਤ ਮਾਨ ਇੱਥੇ ਵਾਅਦਾ ਵੀ ਕਰਕੇ ਗਿਆ ਸੀ, ਕਹਿੰਦਾ ਮੈਂ 25 ਬਿਸਤਰਿਆਂ ਦਾ ਹਸਪਤਾਲ ਬਣਾਊਂ, ਇਹ ਵੀ ਸਟੇਜ ਤੇ ਬੋਲ ਕੇ ਗਿਆ ਸੀ। ਜੋ ਕੱਲ ਸਰਪੰਚ ਨੇ ਕਿਹਾ, ਕਹਿੰਦਾ ਇਹ ਕੀ ਕਰ ਰਹੇ ਹੋ, ਉਹ ਸਰਪੰਚ ਨੂੰ ਪੁੱਠਾ ਬੋਲਿਆ, ਕਹਿੰਦਾ ਤੇਰੇ ਮਾਰ ਕੇ ਲਫੇੜੇ ਤੈਨੂੰ ਅੰਦਰ ਛੱਡਿਆ ਵੇ, ਤੈਨੂੰ ਫੇਰ ਪਤਾ ਲੱਗੇ। ਜਾਣੇ ਸਾਨੂੰ ਪਿੰਡ ਨੂੰ ਵਿਆਹ ਵਰਗਾ ਲੱਗਿਆ ਵੀ ਸਾਡੇ ਪਿੰਡ 'ਚ ਇਹੋ ਜਿਹਾ ਬੰਦਾ ਆਉਣਾ ਨਹੀਂ ਚਾਹੀਦਾ ਮੁੜ ਕੇ। ਬਾਈ ਇੰਨੀ ਗੱਲ ਹੀ ਸੁਣੀ ਆ ਜੀ। ਉਹ ਤਾਂ ਕਹਿੰਦੇ ਰਹਿੰਦੇ ਸੀਗੇ ਵੋਟਾਂ ਤੋਂ ਪਹਿਲਾਂ ਕਿ ਸਰਕਾਰ ਆ ਜਿਹੜੀ ਆ ਸੱਥਾਂ 'ਚੋਂ ਚੱਲਿਆ ਕਰੂਗੀ, ਆ ਲੋਕਾਂ ਨਾਲ ਅਸੀਂ ਗੱਲ ਆ ਕੇ ਕਰਿਆ ਕਰਾਂਗੇ, ਸਲਾਹ ਮਸ਼ਵਰੇ ਕਰਿਆ ਕਰਾਂਗੇ। ਤੁਹਾਡੇ ਨਾਲ ਕਰੀਏ ਗੱਲ ਸਲਾਹ? ਕੋਈ ਸਲਾਹ ਕਿਹਨੇ ਕਰਨੀ ਸੀਗੀ ਜੀ, ਸਾਡੇ ਦਸਵਾਂ ਪੈਰਾਂ ਨੂੰ ਪਾਉਂਦੇ ਆ, ਵੱਡਿਆਂ ਤੋਂ ਚੀਜ਼ਾਂ ਛੋਟੀਆਂ ਬਣਾਉਂਦੇ। ਅਸੀਂ 25 ਬਿਸਤਰਿਆਂ ਦੇ ਹਸਪਤਾਲ ਦੀ ਬਿੱਡ ਕਰਦੇ ਆ, ਉਹਨਾਂ ਨੇ ਉਹ ਵੀ ਚੱਕਣ ਦੀ ਕੋਸ਼ਿਸ਼ ਕਰਦੇ। ਜਿਹੜੀ ਸਰਕਾਰ ਕਹਿੰਦੀ ਸੀ ਤੁਹਾਡੇ ਧੀਆਂ ਪੁੱਤਾਂ ਆਮ ਲੋਕਾਂ ਨਾਲ ਚੱਲਾਂਗੇ, 24 ਘੰਟੇ ਤੁਹਾਡੇ ਨਾਲ ਰਹਾਂਗੇ, ਨਾਲ ਸਾਡੇ ਕਿਹਨੇ ਰਹਿਣਾਗਾ? ਸਰਕਾਰ ਤਾਂ ਕੋਈ ਵੀ ਨਹੀਂ, ਇਹ ਤਾਂ ਮੌਕੇ ਤੇ ਆਓ ਛੱਡ ਕੱਢੀ ਸਾਧ ਵੇਚ ਤੇਰੇ ਮਗਰ ਤੂੰ ਕੌਣ ਮੈਂ ਕੌਣ। ਵੋਟਾਂ ਦਾ ਮਸਲਾ ਸੀਗਾ, ਉਹ ਐਂ ਕਹਿ ਕੇ ਲੈ ਲਈਆਂ। ਕੋਈ ਉਹਨਾਂ ਨੂੰ ਕੋਈ ਚੰਗਾ ਆਇਆ ਨਹੀਂ ਪ੍ਰੋਜੈਕਟ ਕਿਸੇ ਹਿਸਾਬ ਦਾ ਵੀ ਆਹ ਚੰਗਾ ਆਇਆ ਹੋਵੇ।
ਉਹ ਕਹਿੰਦੇ ਸੀਗੇ ਅਸੀਂ 5 ਸਾਲਾਂ ਬਾਅਦ ਵੋਟ ਨਹੀਂ ਮੰਗਣ ਆਵਾਂਗੇ ਜੇਕਰ ਸਾਡਾ ਕੋਈ ਗਲਤ ਕੰਮ ਹੋਇਆ। ਹੁਣ ਆਉਣਗੇ ਵੋਟਾਂ ਮੰਗਣ, ਫਿਰ ਕੀ ਉਹਨਾਂ ਨੂੰ ਪੁੱਛੋਗੇ ਕੋਈ ਗੱਲ? ਅਸੀਂ ਤਾਂ ਪਿੰਡ 'ਚ ਵੀ ਨਹੀਂ ਵੜਨ ਦਿੰਦੇ ਜੀ ਇਹੋ ਜਿਹੇ ਬੰਦੇ ਨੂੰ ਵੀ ਸਾਡੇ ਪਿੰਡ 'ਚ ਖੁਸ਼ੀ ਆਵੇ। ਸਾਰਾ ਪਿੰਡ ਹੀ ਬਾਈਕਾਟ ਕਰੂਗਾ ਵਾਢਿਆਂ ਲਾ ਉਹਨਾਂ ਦਾ। ਸਾਡਾ ਸਰਪੰਚ ਚੁਣਿਆ ਵਾ, ਸਾਰੇ ਪਿੰਡ ਦਾ ਚੁਣਿਆ ਵਾ। ਇਹ ਥੋੜ੍ਹਾ ਵੀ ਉਹਨੂੰ ਜਦੋਂ ਉਹਦੀ ਹੱਦ ਕਰ ਗਿਆ ਬਾਕੀ ਕੀ ਰਹਿ ਗਿਆ ਪਿੱਛੇ ਸਾਡੇ ਕੋਲੇ। ਅਸੀਂ ਨਹੀਂ ਇਹ ਚੀਜ਼ ਨੂੰ ਚੰਗਾ ਚਾਹੁੰਦੇ। ਅਸੀਂ ਗਾਹਾਂ ਨੂੰ ਇਹੋ ਜਿਹੇ ਬੰਦੇ ਨੂੰ ਮੱਥੇ ਵੀ ਨਹੀਂ ਲਾ ਕੇ ਰਾਜੀ। ਵੋਟ ਤਾਂ ਪਾਉਣੀ ਕੀ ਆ, ਪਿੰਡ ਹੀ ਨਹੀਂ ਪਾਉਂਦਾ ਸਾਡਾ ਸਾਰਾ। ਜੀ ਬਿਲਕੁਲ। ਬਾਬਾ ਜੀ ਤੁਸੀਂ ਪਤਾ ਹੋਊ ਤੁਹਾਨੂੰ ਘਟਨਾ ਬਾਰੇ? ਊਂ ਤਾਂ ਪਤਾ ਹੀ ਲੱਗ ਗਿਆ ਹੋਣਾ ਘਟਨਾ ਬਾਰੇ। ਲੱਗ ਗਿਆ ਜੀ। ਫਿਰ ਕੀ, ਜਿਵੇਂ ਬਾਬੇ ਨੇ ਕਿਹਾ ਸੀ ਤਾਂ ਪਿੰਡ ਦੇ ਵਿੱਚ ਨਹੀਂ ਵੜਨ ਦਿੰਦੇ ਤੁਸੀਂ, ਫਿਰ ਇਹ ਸਾਰਾ ਪਾਸੇ ਇੱਕੋ ਹੀ ਕਾਨੂੰਨ ਹੁਣ ਲਾਗੂ ਹੁੰਦਾ ਜੀ। ਹਾਂਜੀ, ਕੋਈ ਵੀ ਨਹੀਂ ਬੰਦਾ ਚਾਹੁੰਦਾ ਹੁੰਦਾ ਮਾੜੇ ਬੰਦੇ ਨੂੰ, ਕੋਈ ਵੀ ਨਹੀਂ ਚਾਹੁੰਦਾ ਹੁੰਦਾ। ਹਮੇਸ਼ਾ ਚੰਗੇ ਬੰਦੇ ਦੀ ਜਿੱਤ ਹੁੰਦੀ ਹੈਗੀ, ਉਸ ਨੂੰ ਚਾਹੁੰਦਾ ਅਗਲਾ। ਹਾਂਜੀ, ਅਫਸੋਸ ਹੁੰਦਾ ਕਿ ਇੱਥੇ ਸਤਨਾਮ ਰਾਹੀ ਖੜੇ ਹੋਏ ਸੀ, ਚਰਨਜੀਤ ਚੰਨੀ ਖੜੇ ਹੋਏ ਸੀ, ਵੀ ਉਹਨਾਂ ਨੂੰ ਵੋਟ ਪਾ ਦਿੰਦੇ ਤੂੰ ਤਾਂ। ਇਹ ਤਾਂ ਮਗਰ ਤਾਂ ਪਛਤਾਉਂਦਾ ਹੀ ਆ ਜੀ ਅਗਲਾ। ਪਹਿਲਾਂ ਉਦੋਂ ਦੇਖਦਾ ਵੀ ਬਲਦਾ ਲਿਆਉਣਾ ਵੀ ਗਾਵਨੀ ਕਿੰਨੇ ਕੁ ਚੰਗੇ ਹੋਣਗੇ, ਪਰ ਐ ਨਹੀਂ ਪਤਾ ਸੀ ਵੀ ਉਦੋਂ ਵੀ ਛੰਦ ਨਿਕਲਿਆ। ਇਹ ਤਾਂ ਹੁਣ ਦੀਂਦਾ ਹੀ ਆ ਸਾਨੂੰ ਵੀ ਉਦੋਂ ਵੀ ਚੰਦ ਟੱਕਰੇ ਆ। ਉਹਨਾਂ ਨੂੰ ਕੋਈ ਜਾਣੇ ਚੰਗਾ ਨਹੀਂ ਕੰਮ ਹੋਇਆ ਇਹਨਾਂ ਤੋਂ ਅਜੇ ਤੱਕ। ਗਾਹਾਂ ਦੇਖੋ ਕੀ ਕਰਦੇ ਆ ਕੀ ਨਹੀਂ ਕਰਦੇ। ਆ ਗਿਆ ਬਦਲਾਅ ਫਿਰ? ਕੱਲ ਕਹਿੰਦੇ ਤੁਹਾਡੇ ਪਿੰਡ ਦੇ ਵਿੱਚ ਕਾਫੀ ਬਦਲਾਅ ਆ ਗਿਆ। ਤਾਂ ਪੂਰੇ ਦਰਜੇ ਦਾ ਹੀ ਆ ਗਿਆ ਜੀ, ਇਹ 'ਚ ਕੋਈ ਸ਼ੱਕ ਨਹੀਂ ਰਹੀ। ਉਹਨੂੰ ਪੁਲਿਸ ਲੈ ਕੇ ਨਿਕਲ ਗਈ, ਨਾਲ ਦੀ ਨਾਲ ਗੱਡੀਆਂ ਹੋਰ ਮੰਗਾ ਲਈਆਂ। ਨਹੀਂ ਤਾਂ ਉਹਨੂੰ ਸੋਧ ਦੇਵੇਂ ਕਹਿੰਦੀ ਅਸੀਂ ਸਮਾਨ ਪਾਉਂਦੇ ਜਿੰਨੇ ਜੋਗਰੇ ਸੀਗੇ, ਅਸੀਂ ਬਖਸ਼ਦੇ ਨਹੀਂ ਸੀਗੇ। ਇੱਕ ਬੰਦਾ ਕੱਲ ਤਾਂ ਸਾਨੂੰ ਹੱਥ ਬੰਨ੍ਹ ਕੇ ਵੋਟਾਂ ਮੰਗਦਾ ਮੇਰੀ ਮਦਦ ਕਰੋ, ਅਗਲੇ ਦਿਨ ਸਾਨੂੰ ਆ ਕੇ ਲਫੇੜੇ ਦਿਖਾਉਂਦਾ ਕਹਿੰਦਾ ਤੁਹਾਨੂੰ ਜੇਲ੍ਹ 'ਚ ਸਿੱਟਿਆ ਹੋਵੇ, ਫਲਾਨਾ ਕਰਿਆ ਹੋਵੇ। ਉਹਨੂੰ ਅਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ? ਨਹੀਂ ਕਰਦੇ। ਬਿਲਕੁਲ। ਤਾਂ ਅਸੀਂ ਅੱਗੇ ਚੱਲਦੇ ਹਾਂ। ਇੱਧਰ ਕਾਫੀ ਸਾਡੇ ਨਾਲ ਜੁੜੇ ਹੋਏ ਨੇ ਬਜ਼ੁਰਗੋ। ਕਿੰਨੀ ਕੁ ਉਮਰ ਹੋ ਗਈ ਤੁਹਾਡੀ? ਅੱਜ ਇੱਥੇ ਬੈਠੇ ਹੋਗੇ, ਪਤਾ ਮਸਲੇ ਦਾ ਪੂਰੇ ਦਾ? ਨਹੀਂ ਜੀ, ਆਪਾਂ ਨੂੰ ਨਹੀਂ ਕੋਈ ਪਤਾ ਹੈ। ਅੱਜ ਇੱਥੇ ਸੱਦਿਆ ਗਾ ਤੁਹਾਨੂੰ, ਕਹਿੰਦੇ ਕਿ ਕੱਲ ਸਰਪੰਚ ਨੂੰ ਕਾਫੀ ਕੁਝ ਬੋਲ ਗਿਆ। ਸਰਪੰਚ ਨੂੰ ਬਹੁਤ ਕੁਝ ਬੋਲ ਗਿਆ ਜੀ। ਇਕੱਲੇ ਸਰਪੰਚ ਨੂੰ ਸਾਰੇ ਪਿੰਡ ਨੂੰ ਬੋਲ ਗਿਆ। ਸਾਨੂੰ ਬਹੁਤ ਮਾੜਾ ਬੰਦਾ ਇਹ, ਵੀ ਅਸੀਂ ਇਹਨੂੰ ਗਾਹਾਂ ਵਾਸਤੇ ਪਿੰਡ 'ਚ ਵੜਨ ਨਹੀਂ ਦਿੰਦੇ। ਬਸ ਆਪਣੀ ਉਮਰ ਦੇ ਵਿੱਚ ਕਦੇ ਦੇਖਿਆ ਸੀ ਇਹੋ ਜਿਹਾ ਕੁਝ ਐਮਐਲਏ ਵੱਲੋਂ ਸਰਪੰਚ ਨੂੰ ਬੋਲਿਆ ਗਿਆ ਹੋਵੇ? ਅਸੀਂ ਇਹੋ ਜਿਹਾ ਬੰਦਾ ਅੱਜ ਤੱਕ ਦੇਖਿਆ ਹੀ ਨਹੀਂ ਸੀ। ਇਹ ਕਹਿੰਦਾ ਸੀ ਵੀ ਬਦਲਾਓ ਕਰੂੰਗਾ। ਹੁਣ ਥਾਂ ਥਾਂ ਤਾਂ ਚੋਰੀਆਂ ਹੋਈ ਜਾਂਦੀਆਂ, ਥਾਂ ਥਾਂ ਕੋ ਜਿੱਥੇ ਮਰਜ਼ੀ ਲੁੱਟ ਖੋਹ ਹੋਈ ਜਾਂਦੀ ਆ। ਆ ਸਾਡੇ ਭੜਾਂ ਵਾਲੇ ਰਾਹ ਦੇ ਵਿੱਚ ਕੋਈ ਨਹੀਂ ਲੰਘਣ ਦਿੰਦਾ ਹੈ। ਇਹਦੇ ਰਾਜ ਦੇ ਵਿੱਚ ਬਦਲਾਓ ਹੋਇਆ ਵਾ। ਕੁਲਚਿਆਂ ਵਾਲੇ ਤੋਂ ਵੀ ਪੈਸੇ ਖੋਹੀ ਜਾਂਦੇ ਆ। ਕੁਲਚਿਆਂ ਵਾਲੇ ਤੋਂ ਵੀ? ਹਾਂ, ਜਿਹੜਾ ਕੁਲਚਿਆਂ ਵਾਲਾ ਬੰਦਾ ਨਾ ਉਸ ਤੋਂ ਵੀ ਪੈਸੇ ਖੋਲੇ ਇਹਦੇ ਰਾਜ ਦੇ ਵਿੱਚ। ਜਿਹੜਾ ਕਹਿੰਦਾ ਸੀ ਵੀ ਬਦਲਾਓ ਹੋਊਗਾ, ਵੀ ਬਦਲਾਓ ਹੋਈ ਜਾਂਦਾ। ਹੁਣ ਇੱਥੋਂ ਘਰ ਤੱਕ ਜਾਣ ਦਾ ਕੋਈ ਪਤਾ ਨਹੀਂ ਵੀ ਜਾਣ ਦੇਊਗਾ ਕੋਈ ਕਿ ਨਾ ਜਾਣ ਦੇਊਗਾ। ਇੰਨਾ ਇਹ ਰਾਜ ਪੁੱਠਾ ਆਇਆ ਜਿੰਨਾ ਵੀ ਕਹਦੇ। ਅਸੀਂ ਇਹਨੂੰ ਗਾਹਾਂ ਵਾਸਤੇ ਪਿੰਡ 'ਚ ਨਹੀਂ ਵੜਨ ਦੇ। ਵੋਟ ਤਾਂ ਅਸੀਂ ਇਹਨੂੰ ਐਤਕੀ ਵੀ ਨਹੀਂ ਸੀ ਪਾਈ। ਅਸੀਂ ਤਾਂ ਹੋਰਾਂ ਲੋਕਾਂ ਨੇ ਪਾਈਆਂ ਜਾਣੀ ਦੀ। ਅਸੀਂ ਤਾਂ ਇਹਨੂੰ ਜ਼ਿੰਦਗੀ ਭਰ ਹੀ ਨਹੀਂ ਪਾਉਂਦੇ। ਇੰਨਾ ਰਾਜ ਇਹ ਪੁੱਠਾ ਸੀ। ਚੰਨੀ ਹੋਰੇ ਖੜੇ ਹੋਏ ਸੀ ਇੱਥੋਂ। ਚੰਨੀ ਹੋਰੇ ਹੋਏ ਸੀਗੇ। ਇਦੋਂ ਤਾਂ ਅਸੀਂ ਜੇ ਚੰਨੀ ਹੋਰਾਂ ਨੂੰ ਪਾਉਂਦੇ ਉਹ ਇਦੋਂ 100 ਗੁਣੇ ਚੰਗੇ ਸੀ। ਇਹਨਾਂ ਜਿੰਨਾ ਤਾਂ ਬੰਦਾ ਮਾੜਾ ਤਾਂ ਅਜੇ ਤੱਕ ਜੰਮਿਆ ਹੀ ਨਹੀਂ। ਹੋਰ ਤਾਂ ਕੀ ਹੈਗਾ, ਇਦੋਂ ਗਾਹਾਂ ਤਾਂ ਕੋਈ ਜੰਮੂਗਾ ਕੀ। ਅਸੀਂ ਤਾਂ ਬਾਹਲੇ ਵਿਰੁੱਧ ਹੋਏ ਬੈਠੇ ਹਾਂ। ਕੇਵਲਾਂ ਸਾਡੀਆਂ ਨਹੀਂ ਰਹਿੰਦੀਆਂ, ਹੋਰ ਕੁਛ ਸਾਡਾ ਨਹੀਂ ਰਹਿੰਦਾ ਹੈ। ਖੇਤਾਂ 'ਚੋਂ ਕੁੱਲ ਬੰਦੇ ਦੇ ਸਿੰਡੀਕੇਟ 'ਚ ਕਬਾਤੇ ਇਹਦੇ ਰਾਜ ਦੇ ਵਿੱਚ। ਕੁੱਲ ਬੰਦੇ ਨੇ ਲਿਆ ਕੇ ਘਰੀ ਆਪਦੇ ਭੋਰਾ ਘਰ ਹੈ ਉਹਨਾਂ ਦੇ ਵਿੱਚ ਲਿਆ ਕੇ ਸਿੰਡੀਕੇਟ ਲਾਈ ਬੈਠੇ ਆ। ਐਂ ਨਹੀਂ ਪਤਾ ਵੀ ਜਾਂਦਿਆਂ ਨੂੰ ਖੇਤ ਭਾਵੇਂ ਨੇ ਟੋਕੇ ਵੀ ਨਹੀਂ ਹੋਣੇ ਜਾਂ ਪਟਾ ਵੀ ਨਹੀਂ ਹੋਣਾ ਜਾਂ ਕੁਛ ਵੀ ਨਹੀਂ ਹੋਣਾ। ਕੋਈ ਰਾਜਾ ਬਾਬੂ ਨੂੰ ਜੇ ਕਿਤੇ ਜਾਹਾ ਉੱਥੇ ਥਾਣੇ 'ਚ ਉਹ ਕਹਿੰਦੇ ਨਾ ਤਰੋ, ਨਾ ਕਿਹਦਾ ਤਰ ਗਏ। ਅਸੀਂ ਤਾਂ ਉਦੋਂ ਪਏ ਹੁੰਨੇ। ਬਸ ਇੰਨਾ ਕੀ ਕੁਛ ਕਹਿਣ ਜਾਣਦੇ ਜੀ ਅਸੀਂ ਤਾਂ। ਪੈਸੇ ਪੂਸੇ ਤਾਂ ਨਹੀਂ ਜੇਬ 'ਚ ਰੱਖਦੇ ਤੁਸੀਂ? ਕਿਤੇ ਭੱਜਿਆ ਵੀ ਨਹੀਂ? ਅਸੀਂ ਡੱਕਾ ਨਹੀਂ ਰੱਖਦੇ ਨਾ, ਸਾਥੋਂ ਭੱਜਿਆ ਜਾਂਦਾ। ਸਾਥੋਂ ਕਰਮ ਨਹੀਂ ਤੁਰਨ ਦਿੰਦੇ, ਉਹਦੀ ਖੋਲਣਗੇ। ਸਾਨੂੰ ਤਾਂ ਕਰਮ ਨਹੀਂ ਤੁਰਨ ਦਿੰਦੇ, ਉਹਦੀ ਖੋਲਣਗੇ। ਆ ਸੋਟੀ ਰੱਖੀ ਆ, ਸੋਟੀ ਸਹਾਰਾ ਨਹੀਂ ਬਣਦੀ ਫਿਰ? ਉਹ ਸੋਟੀ ਕੁਛ ਨਹੀਂ, ਉਹਦੇ ਉਹਨਾਂ ਕੋਲੇ ਦਾਅ ਹੁੰਦੇ ਆ। ਇਹ ਸੋਟੀ ਤਾਂ ਸਾਨੂੰ ਪਰ ਹੀ ਸਿੱਟਣੀ ਪੈਂਦੀ ਆ। ਇਹ ਤਾਂ ਇਕੱਲਾ ਮਾੜੇ ਜਿਹੇ ਤੁਰਨ ਦੀ ਖਾਤਰ ਹੀ ਆ ਬਸ। ਪੈਸਾ ਪੂਸਾ ਨਹੀਂ ਕਿਸੇ ਕੋਲੇ ਛੱਡਦੇ। ਪੈਸੇ ਵਾਲੀ ਤਾਂ ਸਰਕਾਰ ਹੀ ਖਤਮ ਹੈ। ਪੈਸੇ ਨੂੰ ਤਾਂ ਫਿਰਦੇ ਆ। ਬਸ ਇੰਨਾ ਕੁਛ ਕਹਿਣੀ ਚਾਹੁੰਦੇ ਸੀ ਜੀ। ਤਾਂ ਅਸੀਂ ਅੱਗੇ ਚੱਲਦੇ ਹਾਂ। ਇੱਧਰ ਹਾਂਜੀ ਐਸਐਚਓ ਸਾਹਿਬ ਨਾਲ ਸੀਗੇ ਕੱਲ? ਹਾਂ, ਮੂਹਰੇ ਖੜੇ ਰਿਹਾ। ਤਾਂ ਇੱਧਰ ਪ੍ਰਸ਼ਾਸਨ ਵੀ ਬੈਠਾ ਸੀ। ਫਿਰ ਇਹਨਾਂ ਲੋਕਾਂ ਕੋਲ ਆਉਣੇ ਆ, ਸਾਡੇ ਕੋਲ ਮੌਜੂਦ ਆ। ਅਸੀਂ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਾਂਗੇ। ਐਸਐਚਓ ਸਾਹਿਬ ਤੁਸੀਂ ਕੱਲ ਨਾਲ ਸੀਗੇ? ਜਿਹੜੀ ਘਟਨਾ ਵਾਪਰੀ ਆ ਇੱਥੇ ਹੋਇਆ ਜੋ ਕੁਝ ਹੋਇਆ, ਤੁਸੀਂ ਕੱਲ ਨਾਲ ਸੀਗੇ? ਹਾਂਜੀ, ਜਿਹੜਾ ਇੱਥੇ ਕੱਲ ਵਿਧਾਇਕ ਦੇ ਨਹੀਂ, ਆਪਾਂ ਵੀ ਗੱਲ ਬਹੁਤ ਬਾਹਲੀ ਜ਼ਰੂਰੀ ਆ ਗੱਲ ਜਿਹੜੀ ਆਪਾਂ ਕਰ ਰਹੇ ਹਾਂ। ਲੋਕਾਂ ਦੀ ਮਸਲਾ ਹੈਗਾ। 9763 ਜੀ 95486। ਅੱਛਾ, ਨੰਬਰ ਲਿਖਾ ਰਹੇ ਨੇ ਐਸਐਚਓ ਸਾਹਿਬ। ਅਸੀਂ ਕੋਈ ਨਹੀਂ, ਇੱਥੇ ਖੜੇ ਆ, ਗੱਲਬਾਤ ਕਰਾਂਗੇ ਐਸਐਚਓ ਸਾਹਿਬ ਦੇ ਨਾਲ। ਇੱਧਰ ਕੁਲਦੀਪ ਮਗਰਲੇ ਪਾਸੇ ਦਿਖਾ ਦੇ, ਮਾੜਾ ਜਿਹਾ ਕੈਮਰਾ ਦਿਖਾ ਦੇ। ਮਗਰਲੇ ਪਾਸੇ ਲੋਕ ਖੜੇ ਨੇ। ਲੋਕ ਨੇ ਦੱਸਿਆ ਗਾ ਕਿ ਐਸਐਚਓ ਸਾਹਿਬ ਨਾਲ ਸੀਗੇ। ਤੁਸੀਂ ਵੀ ਨਾਲ ਹੋਵੋਗੇ, ਮੁਲਾਜ਼ਮ ਹੋ ਤੁਸੀਂ ਇੱਥੋਂ ਥਾਣੇ 'ਚ? ਕਿਵੇਂ ਤੁਸੀਂ ਕੱਲ ਜੋ ਇੱਥੇ ਵਾਪਰਿਆ ਉਹਦੇ ਦੇਖਿਆ ਹੋਣਾ ਤੁਸੀਂ ਸਾਰਾ ਕੁਝ, ਕੀ ਕੁਝ ਹੋਇਆ ਇੱਥੇ?
ਉਹ ਤਾਂ ਰੁਕਾਵਟੇ ਆਉਂਦੇ ਸੀ, ਹੋਰ ਤਾਂ ਕੀ ਦੇਖਿਆ ਸਰ। ਕੌਣ ਰੁਕਾਵਟ ਪਾਉਂਦੇ ਸੀ? ਆਪਣੇ ਪਬਲਿਕ ਹੀ। ਪਬਲਿਕ ਇੱਥੇ ਇਕੱਠੀ ਹੋਈ ਆ। ਪਬਲਿਕ ਕਹਿੰਦੇ ਵੀ ਸਾਨੂੰ ਚਾਹੀਦੀ ਨਹੀਂ ਮੁਹੱਲਾ ਕਲੀਨਿਕ, ਸਾਡੇ ਤੇ ਧੱਕੇ ਨਾਲ ਥੋਪੇ ਜਾ ਰਹੇ ਨੇ। ਪਿੰਡ ਦਾ ਕੰਮ ਹੈ ਸਰ, ਇਹਨਾਂ ਵੀ ਚਾਹੀਦਾ ਜਾਂ ਨਹੀਂ ਚਾਹੀਦਾ ਸਰ। ਠੀਕ ਹੈ ਜੀ। SHO ਸਾਹਿਬ ਕਿਸੇ ਨਾਲ ਵੱਡੇ ਅਫਸਰ ਨਾਲ ਲੱਗੇ ਨੇ ਜਾਂ ਕੋਈ ਪਰਸਨਲ ਗੱਲ ਕਰ ਰਹੇ ਨੇ? ਮਾਨਸਾ ਡਿਪਟੀ ਸਾਹਿਬ ਦੇ ਨਾਲ ਗੱਲ ਚੱਲਦੀ ਹੈ ਜੀ। ਉਹਨਾਂ ਨੇ ਕਹਿੰਦੇ ਇੱਥੇ ਕੋਈ ਕੰਮ ਸੀ ਉਹਨਾਂ ਦਾ ਜ਼ਰੂਰੀ, ਉਹਨਾਂ ਡਿਊਟੀ ਮੇਰੀ ਲਾਈ ਸੀ ਯਾਰ, ਮੇਰਾ ਨੰਬਰ ਦਿੱਤਾ ਉਹਨਾਂ ਨੇ। ਬਈ ਤੁਸੀਂ ਵੀ ਨਾਲ ਸੀ ਕੱਲ? ਨਾਲ ਨਹੀਂ ਸੀਗੇ? ਥਾਣੇ 'ਚ ਸੀ ਤੁਸੀਂ? ਨਹੀਂ, ਮੈਂ ਤਾਂ ਜੀ ਬਾਹਰ ਆਊਟ ਸਟੇਸ਼ਨ ਹੀ। ਅੱਛਾ, ਆਊਟ ਸਟੇਸ਼ਨ ਸੀ। ਤਾਂ ਇੱਥੇ ਹੋਰ ਵੀ ਮੁਲਾਜ਼ਮ ਖੜੇ ਨੇ। ਬਾਈ ਤੁਸੀਂ ਤਾਂ ਨਹੀਂ ਨਾਲ? ਤੁਸੀਂ ਤਾਂ ਨਹੀਂ ਸੀ ਨਾਲ? ਸਭ ਦੱਸ ਸਕਦੇ ਸਾਡੇ। ਹਾਂਜੀ, ਨਾ ਸਾਡੇ ਤਾਂ ਡਿਊਟੀਆਂ ਲੱਗੀਆਂ ਹੋਈਆਂ ਬਾਹਰ। ਨਹੀਂ ਤੁਸੀਂ ਇੱਥੇ ਪਿੰਡ 'ਚ ਸੀ ਜਾਂ ਬਾਹਰ ਸੀ ਕਿਤੇ? ਬਸ ਬਾਹਰ ਸਾਡੀਆਂ ਡਿਊਟੀਆਂ ਲੱਗੀਆਂ, ਬਾਹਰ ਡਿਊਟੀਆਂ ਲੱਗੀਆਂ ਨੇ, ਉਹ ਕਰਕੇ ਜਾਣਾ ਪੈਂਦਾ। ਸਾਰੇ ਡਿਊਟੀਆਂ ਅਲੱਗ-ਅਲੱਗ। ਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ SHO ਸਾਹਿਬ ਦੇ ਨਾਲ ਅਸੀਂ ਗੱਲ ਕਰਨੀ ਚਾਹੀ ਤਾਂ ਹੁਣ ਦੇਖਦੇ ਆਂਗੇ ਕਿ ਸਾਡੇ ਨਾਲ ਗੱਲ ਕਰਨਗੇ ਜਾਂ ਨਹੀਂ ਕਰਨਗੇ। ਤਾਂ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਮੁੱਦੇ ਦੀ ਤਹਿ ਤੱਕ ਜਾਇਆ ਜਾਵੇ, ਕਿਉਂਕਿ ਇੱਥੇ ਸਾਨੂੰ ਬਜ਼ੁਰਗਾਂ ਨੇ ਦੱਸਿਆ ਕਿ ਇੱਥੇ ਚੋਰੀਆਂ ਵੀ ਬਹੁਤ ਹੁੰਦੀਆਂ ਨੇ, ਸਾਡੀਆਂ ਕੇਬਲਾਂ ਲਾਈਆਂ ਜਾਂਦੀਆਂ ਨੇ, ਸਾਡੇ ਸਿੰਡੀਕੇਟ ਚੱਕੇ ਜਾਂਦੇ ਨੇ, ਸਾਡੇ ਜੇਬਾਂ ਦੇ ਵਿੱਚ ਅਸੀਂ ਪੈਸੇ ਰੱਖਣੋਂ ਹਟ ਗਏ ਹਾਂ ਕਿ ਸਦਰੇ ਤੋਂ ਭੱਜਾ ਨਹੀਂ ਜਾਣਾ। ਤਾਂ ਅਸੀਂ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ। SHO ਸਾਹਿਬ ਹਜੇ ਬਿਜੀ ਨੇ। ਕੁਲਦੀਪ ਉਹ ਤਸਵੀਰ ਦਿਖਾ ਦਿਓ, ਉੱਧਰ ਫੋਨ ਤੇ ਲੱਗੇ ਹੋਏ ਨੇ SHO ਸਾਹਿਬ, ਉਹ ਬਿਜੀ ਨੇ ਹਲੇ। ਤਾਂ ਅਸੀਂ ਇੱਧਰਲੇ ਪਾਸੇ ਗੱਲਬਾਤ ਕਰ ਲਈਏ ਲੋਕਾਂ ਦੇ ਨਾਲ। ਉਹਨਾਂ ਟਾਈਮ ਅੱਜ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਸਾਰਿਆਂ ਦੇ ਨਾਲ ਹੀ ਕਰਾਂਗੇ। ਗਰਾਊਂਡ ਜ਼ੀਰੋ 'ਤੇ ਰਿਪੋਰਟਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਗਰਾਊਂਡ ਜ਼ੀਰੋ ਤੋਂ ਅਸੀਂ ਮੁਲਾਕਾਤ ਆ ਜਿਹੜੀ ਲੋਕਾਂ ਦੇ ਨਾਲ ਕਰ ਰਹੇ ਹਾਂ ਕਿ ਕੀ ਵਾਪਰਿਆ। ਬਾਬਾ ਕੱਲ੍ਹ ਕੀ ਵਾਪਰਿਆ ਇੱਥੇ ਪਿੰਡ ਦੇ ਵਿੱਚ ਪਤਾ? ਕੱਲ੍ਹ ਜੀ ਸਹਿਣਾ ਪਿੰਡ ਦੇ ਅੰਦਰ ਜਿਹੜੀ ਇਹ ਮੁਹੱਲਾ ਕਲੀਨਿਕ ਦਾ ਜੋ ਉਦਘਾਟਨ ਹੋਇਆ, ਅਸੀਂ ਇੱਥੇ ਬਾਜ਼ਾਰ 'ਚ ਇਹ ਵੀਡੀਓ ਵਗੈਰਾ ਜੋ ਪੰਚਾਇਤ ਨੇ ਧਰਨਾ ਲਾਇਆ ਸੀਗਾ, ਉਸ ਤੋਂ ਬਾਅਦ ਗਏ ਅਸੀਂ ਉੱਥੇ। ਪ੍ਰਸ਼ਾਸਨ ਵੀ ਦਾ ਬੰਦੋਬਸਤ ਬਹੁਤ ਸੀਗਾ ਅਤੇ ਉਦੋਂ ਬਾਅਦ ਅੰਦਰ ਵੀ ਜਾ ਕੇ ਆਏ। ਅਸੀਂ ਆਖਿਆ ਵੀ ਠੀਕ ਆ, ਦੇਖੋ ਕਿਹੜੀਆਂ ਇਹਨਾਂ ਨੇ ਮਸ਼ੀਨਾਂ ਲਾਈਆਂ। ਅਤੇ ਇਹ MLA ਸਾਹਿਬ ਨਾਲ ਜੋ ਵੀਡੀਓ ਆਈ, ਉਹ ਵੀਡੀਓ 'ਤੇ ਅਸੀਂ ਦੇਖਿਆ, ਮੌਕੇ 'ਤੇ ਅਸੀਂ ਨਹੀਂ ਸੀਗੇ, ਪਰ ਅੰਦਰ ਕੋਈ ਸਾਨੂੰ ਮਸ਼ੀਨ ਦਿਖਾਈ ਗਈ ਨਹੀਂ। ਜੋ ਜੇ ਮੰਤਰੀ ਸਾਹਿਬ ਪਬਲਿਕ ਨੇ ਬਣਾਇਆ, ਜੋ ਉਹਨਾਂ ਨੇ ਕਿਹਾ ਵੀ ਅਸੀਂ ਥੱਪੜ ਮਾਰਾਂਗੇ, ਅਸੀਂ ਇਹਦਾ ਵਿਰੋਧ ਕਰਦੇ ਹਾਂ ਪਿੰਡ ਵੱਲੋਂ। ਜੋ ਕਿ ਇਹ ਮਾਨਵ ਅਧਿਕਾਰਾਂ ਦਾ ਹੰਨਣਾ, ਧਰਨਾ ਲਾਉਣਾ, ਹਰੇਕ ਮਨੁੱਖ ਦਾ ਆਵਾਜ਼ ਉਠਾਉਣ ਦਾ ਉਹਦਾ ਹੱਕ ਆ, ਉਹਨੂੰ ਦਬਾਇਆ ਨਾ ਜਾਵੇ। ਜੋ ਕਿ ਪਬਲਿਕ ਦੇ ਅੰਦਰ ਹਰੇਕ ਬੰਦਾ ਆਪ ਬੋਲ ਸਕੇ। ਬਾਕੀ ਪਿੰਡ ਦਾ ਇਹ ਆ ਵੀ ਵੱਡਾ ਪਿੰਡ ਆ ਸਾਡਾ, ਆਬਾਦੀ ਵਾਲਾ ਹੈ। ਜੋ ਇਹਨਾਂ ਦੀ ਮੰਗ ਸੀ ਵੀ ਇਹਨੂੰ ਵੱਡਾ ਕੀਤਾ ਜਾਵੇ, ਨਾ ਕਿ ਛੋਟਾ ਕੀਤਾ ਜਾਵੇ। ਤਾਂ ਅਸੀਂ ਅੱਗੇ ਚੱਲਦੇ ਹਾਂ। ਆਹ ਨੌਜਵਾਨ ਬੈਠੇ ਨੇ। ਬਈ ਸਰਪੰਚ ਦੀ ਸਪੋਰਟ 'ਚ ਆਏ ਹੋ? ਹਾਂਜੀ ਬਿਲਕੁਲ ਬਾਈ। ਤੇ ਕੱਲ ਜੋ ਵੀ ਵਾਪਰਿਆ ਤੁਹਾਨੂੰ ਪਤਾ ਹੀ ਹੈ, ਸਾਰੇ ਵਾਇਰਲ ਹੋ ਚੁੱਕਿਆ ਹੈਗਾ। ਤੇ ਆਪਾਂ ਦੇਖ ਸਕਦੇ ਹਾਂ ਵੀ ਸਰਪੰਚ ਸਾਹਿਬ ਕਿੰਨੀ ਰਿਸਪੈਕਟ ਨਾਲ ਗੱਲ ਕਰ ਰਹੇ ਨੇ, ਤੇ ਉਹਦਾ ਮੋੜਵਾਂ ਜਵਾਬ ਕੀ ਮਿਲ ਰਿਹਾ ਤੁਹਾਨੂੰ ਪਤਾ ਹੀ ਆ ਵੀ 4 ਲਫੇੜੇ ਮਾਰ ਕੇ ਅੰਦਰ ਸੁੱਟ ਦਿੱਤਾ ਜਾਊਗਾ। ਇਹ ਬਹੁਤ ਸਰਾਸਰ ਗਲਤ ਆ। ਉੱਦਾਂ ਹੀ ਪਤਾ ਵੀ ਇੱਦਾਂ ਬੋਲਣਾ ਬਹੁਤ ਗਲਤ ਆ। ਤੇ ਜੇ ਮੂਹਰੋਂ ਕੋਈ ਰਿਸਪੈਕਟ ਨਾਲ ਗੱਲ ਕਰਦਾ, ਉਹਦੇ ਨਾਲ ਰਿਸਪੈਕਟ ਨਾਲ ਗੱਲ ਕਰੋ। ਚਾਹੁੰਦੇ ਹੋ ਇੱਥੇ ਮੁਹੱਲਾ ਕਲੀਨਿਕ ਬਣੇ? ਨਹੀਂ ਵੀਰੇ, ਦੇਖੋ ਸਾਡੇ ਪਿੰਡ ਦੀ ਆਬਾਦੀ ਬਹੁਤ ਜ਼ਿਆਦਾ ਹੈਗੀ, ਜਾਣੀ ਕਿ 10-12 ਹਜ਼ਾਰ ਤਾਂ ਵੋਟ ਹੀ ਆ। ਤੇ ਹਾਂ ਬਣ ਜੇ, ਬਟ ਉਹ ਹਸਪਤਾਲ ਨੂੰ ਨਾ ਮਤਲਬ ਡੀਗ੍ਰੇਡ ਕੀਤਾ ਜਾਵੇ, ਉਹ ਉੱਦਾਂ ਹੀ ਚੱਲਣ ਦਿੱਤਾ ਜਾਵੇ, ਸਾਈਡ 'ਤੇ ਬਣ ਜੇ। ਕਿੱਥੇ ਤਾਂ ਅਪਗ੍ਰੇਡ ਕਰਨ ਦੀ ਬਜਾਏ ਉਹਨੂੰ ਛੋਟਾ ਕਰ ਰਹੇ ਆ। ਤੇ ਜਿਹੜੇ ਹੁਣ ਗਰੀਬ ਮਜ਼ਦੂਰ ਲੋਕ ਆ ਉਹ ਕਿੱਥੇ ਜਾਣਗੇ ਬਾਈ ਯਾਰ। ਬਿਲਕੁਲ ਹਾਂਜੀ। ਹਾਂ ਤਾਂ ਅੱਗੇ ਚੱਲਦੇ ਹਾਂ। ਬਜ਼ੁਰਗੋ ਕਿੰਨੀ ਕੁ ਉਮਰ ਹੋ ਗਈ? ਦੇਖਿਆ ਪਹਿਲਾਂ ਇਹੋ ਜਿਹਾ MLA ਜਿਹੜਾ ਕਹਿੰਦਾ ਸਰਪੰਚ ਨੂੰ ਵੀ ਮੈਂ ਥੱਪੜ ਮਾਰ ਦੂੰ? ਮੈਂ ਨਹੀਂ ਦੇਖਿਆ, ਉਹਲੇ ਨਹੀਂ ਸੀਗਾ। ਜੇ ਮੈਂ ਕੋਲੇ ਹੁੰਦਾ ਫਿਰ ਹੁੰਦਾ ਦੱਸ ਦਿੰਦਾ। ਨਹੀਂ ਪਹਿਲਾਂ ਤੁਸੀਂ ਆਪਦੀ ਉਮਰ 'ਚ ਦੇਖਿਆ ਹੋਵੇ ਇਹ? ਤਾਂ ਹੀ ਕੋਈ MLA ਨਹੀਂ ਦੇਖਿਆ ਇਹ ਜਿਹਾ, ਪਰ ਮੈਂ ਕੋਲੇ ਨਹੀਂ ਸੀ ਵੀ ਕੀ ਗੱਲ ਹੋਈ ਹੈ, ਇਹ ਗੱਲ ਦਾ ਨਹੀਂ ਪਤਾ ਮੈਨੂੰ। ਤੁਸੀਂ ਦੇਖਿਆ ਬਜ਼ੁਰਗੋ ਕਿੰਨੀ ਉਮਰ ਹੋ ਗਈ ਇਹੋ ਜਿਹਾ MLA ਪਹਿਲਾਂ ਆਪਦੀ ਉਮਰ 'ਚ ਦੇਖਿਆ ਹੋਵੇ ਜਿਹੜਾ ਕਹਿੰਦਾ ਹੋਵੇ ਵੀ ਮੈਂ ਸਰਪੰਚ ਦੀ ਥੱਪੜ ਮਾਰੂ? ਮੈਂ ਤਾਂ ਕੱਲ ਖੇਤ ਸੀਗਾ। ਨਹੀਂ ਤੁਸੀਂ ਆਪਦੀ ਉਮਰ 'ਚ ਪਹਿਲਾਂ ਦੇਖਿਆ ਹੋਵੇ, ਕੋਈ ਬਾਦਲਾਂ ਵੇਲੇ ਦੇਖਿਆ ਹੋਵੇ ਜਾਂ ਕੈਪਟਨਾਂ ਵੇਲੇ ਦੇਖਿਆ ਹੋਵੇ? ਉਮਰ ਹਾਂ 73 ਸਾਲ ਹੈ। ਇਹੋ ਜਿਹਾ ਮੈਂਬਰ ਵੀ ਨਹੀਂ ਦੇਖਿਆ ਕੋਈ। ਹਾਂਜੀ, ਮੈਂਬਰ ਵੀ ਨਹੀਂ ਦੇਖਿਆ। MLA ਦਾ ਕੀ ਦੇਖਣਾ ਸੀ? ਜਿਵੇਂ ਉਹ ਬੋਲਿਆ ਇੰਨੀਆਂ ਬੁੜੀਆਂ ਤੇ ਇਹੋ ਜਿਹਾ ਬੋਲਿਆ ਇਹਨੂੰ ਸਰਪੰਚ ਨੂੰ। ਹਲਕ ਨਹੀਂ ਸਾਡੇ ਪਿੰਡ ਦੀ, ਹਲਕਾ ਪਿੰਡ ਨੂੰ ਹੀ ਬੋਲ ਗਿਆ ਉਹ। ਮੈਂਬਰ ਕਹਿੰਦਾ ਸਾਡੀਆਂ ਵੋਟਾਂ ਪਾਇਆ ਆ ਦਿੱਤਾ ਉਹਨੇ ਫਲ। ਕਹਿੰਦੇ ਸਰਪੰਚ ਦਾ ਪਿੰਡ ਦੀ ਪੱਗ ਹੁੰਦੇ ਨੇ। ਹਾਂ ਫਿਰ ਸਾਡੀ ਤਾਂ ਪੱਗ ਉਹ ਸਿੱਟ ਗਿਆ ਪੈਰਾਂ 'ਚ ਉਹਦੇ। ਸਾਡਾ ਕੀ ਰਹਿ ਗਿਆ ਹੁਣ ਇੱਥੇ? ਕਿੱਥੇ ਭਗਵੰਤ ਮਾਨ ਕਹਿੰਦਾ ਸੀ ਮੈਂ ਬਣਾ ਦੂੰ, ਐਂ ਬਣਾ ਦੂੰ, ਸਾਡਾ ਕੀ ਸੁਣ ਲੈਣ? ਆਮ ਆਦਮੀ ਦੀ ਕਹਿੰਦਾ ਸੀ ਕੀ ਸਾਡਾ ਕਰ ਗਏ ਇਹ? ਕਿੱਥੇ ਜਾਵਾਂਗੇ ਅਸੀਂ ਦਵਾਈ ਬੂਟੀ ਲੈਣ? ਹਿਸਾਬ ਲਾਓ ਤੁਸੀਂ, ਅਸੀਂ ਕਿੱਥੇ ਜਾਵਾਂਗੇ? ਐਡਾ ਪਿੰਡ ਆ ਸਾਡਾ, ਕਿੱਥੇ ਲਾਵਾਂ ਪਿੰਡਾਂ ਦੇ ਵੀ ਇੱਥੇ ਆਉਂਦੇ 12-13 ਪਿੰਡਾਂ ਦੇ। ਕਿਤੇ ਬੁਰਜ ਬਣਾਉਂਦੇ ਜਾਂ ਢਿਲਵੀਂ ਬਣਾਉਂਦੇ, ਮੌੜੀ ਬਣਾਉਂਦੇ, ਇੱਥੇ ਲੀਲੋ ਕੋਠੀ ਬਣਾਉਂਦੇ, ਉਹ ਕੋਠੇ ਸੀ ਉੱਥੇ ਬਣਾਉਂਦੇ। ਹਾਂ ਉਹ ਬਣੀ ਬਣਾਈ। ਆਹ ਜਗ੍ਹਾ ਕਿਹੋ ਜਿਹੀ ਇੱਥੇ ਬਣਾਉਂਦੇ? ਜੋ ਸਰਪੰਚ ਕਹਿੰਦਾ ਵੀ ਤੈਨੂੰ ਅਸੀਂ ਥਾਂ ਦਿੰਦੇ ਹਾਂ, ਜਗ੍ਹਾ ਦਿੰਦੇ ਹਾਂ,
ਚਾਹ ਪਾਣੀ ਵੀ ਦਿਆ ਕਰਾਂਗੇ, ਸਾਰਾ ਕੁਝ ਦੇਵਾਂਗੇ ਵੀ ਇੱਥੇ ਬਣਾਓ ਜਿੱਥੇ ਮਰਜ਼ੀ। ਧੱਕੇ ਨਾਲ ਬਣਾ ਕੇ ਗਏ ਆ, ਧੱਕੇ ਨਾਲ ਬਣਾ ਕੇ ਧੱਕੇ ਨਾਲ ਹੀ ਬਣਾਇਆ ਜੀ, ਹੋਰ ਕੀ ਆ। ਕਹਿੰਦੇ ਅੰਦਰ ਨਹੀਂ ਵੜਨ ਦਿੱਤਾ ਨਾ, ਕਿਸੇ ਨੂੰ ਨਹੀਂ ਬਣ ਦਿੱਤਾ। ਹੋਰ ਤੁਸੀਂ ਦੇਖਿਆ ਹੀ ਇਹ ਬੋਲਣਾ ਨਹੀਂ ਹੈਗਾ ਤੁਸੀਂ ਬਈ। ਅਸੀਂ ਇਕੱਲੇ ਬੰਦੇ ਨੂੰ ਪੁੱਛ ਰਹੇ ਹਾਂ ਤਾਂ ਕਿ ਕਿਸੇ ਦੇ ਦਿਲ ਦੇ ਵਿੱਚ ਗਿਲਾ ਨਾ ਰਹੇ ਕਿ ਸਾਡੇ ਲੀਡਰ ਨੂੰ ਮਾੜਾ ਕਹਿ ਗਏ ਜਾਂ ਸਾਡੇ ਲੀਡਰ ਦੇ ਬਾਰੇ ਦੂਜੇ ਲੋਕਾਂ ਨੂੰ ਪੁੱਛ ਗਏ। ਤੁਸੀਂ ਬੋਲਣਾ ਜੀ ਕੁਛ ਕੀ ਲੱਗਦਾ ਕੀ ਆ ਕੱਲ ਜਿਹੜਾ ਕੁਛ ਹੋਇਆ ਇੱਥੇ ਪਿੰਡ 'ਚ? ਪਿੰਡ 'ਚ ਤਾਂ ਕੱਲ ਬਹੁਤ ਉਹ ਜਿਹੜਾ MLA ਸੀ ਬਹੁਤ ਗਲਤ ਬੋਲ ਕੇ ਗਿਆ। ਐਡਾ MLA ਮਾੜਾ ਸਾਨੂੰ ਅੱਜ ਤਾਈਂ ਨਹੀਂ ਮਿਲਿਆ ਹੈ। ਅੱਜ ਨਾ ਹੁਣ ਅਸੀਂ ਉਹ ਪਿੰਡ 'ਚ ਵੜਨ ਦੇਣਾਗਾ। ਸਰਪੰਚ ਨੂੰ ਸਾਡੇ ਨੂੰ ਇਹੋ ਜਿਹਾ ਸਰਪੰਚ ਆ ਬਹੁਤ ਵੱਧ ਕੇ ਬਹੁਤ ਗਲਤ ਬੋਲ ਗਿਆ। ਇਹ ਜੇ MLA ਤੋਂ ਤਾਂ ਅਸੀਂ ਬਿਨਾਂ ਹੀ ਚੰਗੇ ਆ। ਸਾਨੂੰ ਕਹਿੰਦਾ ਵੀ 13 ਮੰਜੇ ਦਾ ਹਸਪਤਾਲ ਦੇਵਾਂਗੇ ਸਾਨੂੰ। ਹੁਣ ਜਿਹੜਾ ਸਾਡਾ ਹੈਗਾ ਜਿੰਨਾ ਕੋ ਉਹ ਵੀ ਚੱਕੀ ਜਾਂਦਾ, ਕਹਿੰਦਾ ਮੈਂ ਇਹ ਵੀ ਚੱਕ ਨੂੰ ਉਹਦਾ ਕੀ ਦੇਣਾ ਜੀ, ਕੁਛ ਹੋਰ ਹੀ ਬਣਾਈ ਜਾਂਦਾ। ਮੈਨੂੰ ਉਹਦਾ ਪਤਾ ਲੱਗਦਾ ਵੀ ਕੀ ਬਣਾਉਂਦਾ, ਕੋਈ ਦੁਕਾਨ ਬਣਾਉਂਦਾ ਕੀ ਬਣਾਉਂਦਾ। ਇਹਨੂੰ ਕਹਿੰਦੇ ਵੀ ਗਾਹਾਂ ਨੂੰ ਸਾਡੇ ਪਿੰਡ 'ਚ ਨਾ ਵੜੇ, ਬਸ ਅਸੀਂ ਤਾਂ ਇਹ ਤੋਂ ਬਿਨਾਂ ਹੀ ਚੰਗੇ ਆ। ਕਹਿ ਦਈਏ ਵੀ ਗਾਹਾਂ ਨੂੰ ਨਾ ਬੜੇ ਸਹਿਣੇ 'ਚ, ਕਹਿੰਦੇ ਵੀ ਸਾਡੇ ਪਿੰਡ 'ਚ ਨਾ ਵੜੇ MLA, ਅਸੀਂ ਤਾਂ ਇਹ ਤੋਂ ਬਿਨਾਂ ਹੀ ਚੰਗੇ ਆਂਗੇ। ਬਸ ਸਾਡੇ ਸਰਪੰਚ ਨੂੰ ਬਹੁਤ ਗਲਤ ਬੋਲ ਕੇ ਗਿਆ ਹੈ। ਪਛਤਾਉਣੇ ਹੋ ਵੀ ਜਾਂ ਬਾਦਲਾਂ ਨੂੰ ਹੀ ਵੋਟ ਪਾ ਕੇ ਜਿਤਾ ਦਿੰਦੇ ਜਾਂ ਚੰਨੀ ਵਰਗਿਆਂ ਨੂੰ ਜਿਤਾ ਦਿੰਦੇ। ਅਸੀਂ ਤਾਂ ਜਮਾ ਪਛਤਾਉਨੇ ਆ, ਸਾਨੂੰ ਤਾਂ ਪਤਾ ਨਹੀਂ ਸੀ ਵੀ ਅਸੀਂ ਤਾਂ ਕਿ ਵੀ ਗਰੀਬ ਘਰ ਦਾ ਪੁੱਤਾ ਚੱਲ ਬਣਾ ਦਿੰਨੇ ਆ। ਇਹਨੂੰ ਤਾਂ ਸਹੁਰੇ ਨੂੰ ਜਮਾ ਹੀ ਮੱਤ ਨਹੀਂ, ਨਾ ਸੂਹਾਂ ਨਾ ਸੱਪਾ। ਇਹਨੇ ਤਾਂ ਬਹੁਤ ਗਲਤ ਬੋਲ ਕੇ ਗਿਆ ਸਾਡੇ ਪਿੰਡ 'ਚ, ਨਜਾਇਜ਼ ਜੀ। ਇਦੋਂ ਮੁੜ ਕੇ ਮੈਂ ਤੁਹਾਨੂੰ ਦੱਸਦਾ ਸਾਡੇ ਪਿੰਡ 'ਚ ਨਾ ਬੜੇ, ਬਸ ਇਹ ਤੋਂ ਬਿਨਾਂ ਹੀ ਚੰਗੇ ਸੀ। ਤਾਂ ਨਾ ਸਾਨੂੰ ਇਹਦੀ ਮਦਦ ਦੀ ਲੋੜ ਆ, ਨਾ ਸਾਨੂੰ ਇਹਦੇ ਕੋਈ ਪਿਆਰ ਦੀ ਲੋੜ ਆ। ਸਾਨੂੰ ਇਹਨੂੰ ਸਾਡੇ ਪਿੰਡ 'ਚ ਬੜੇ ਹੀ ਨਾ, ਬਸ ਆਹੀ ਗੱਲ ਆ, ਹੋਰ ਗੱਲ ਕੋਈ ਨਹੀਂ ਹੈ। ਬਿਲਕੁਲ, ਤਾਂ ਇਹਨਾਂ ਨੇ ਤਾਂ ਬਾਈਕਾਟ ਹੀ ਕਰਤਾ ਜੀ, ਸਾਡੇ ਪਿੰਡ 'ਚ ਹੀ ਨਾ ਬੜੇ। ਇਧਰਲੇ ਪਾਸੇ ਕਿੰਨੀ ਉਮਰ ਹੋ ਗਈ ਬਜ਼ੁਰਗੋ ਤੁਹਾਡੀ ਕਿੰਨੀ ਉਮਰ ਹੋ ਗਈ? ਸਾਡੀ ਤਾਂ ਉਮਰ ਜੀ 85-86 ਸਾਲ ਦੀ। ਅਸੀਂ ਤਾਂ ਐਂ ਦੇਖਦੇ ਸੀ ਵੀ ਉੱਥੇ ਪੋਸਟ ਮਾਸਟਰ ਹੋਏ ਨੇ ਪਹਿਲੇ ਬੰਦੇ ਦੇ ਅੰਗਰੇਜ਼ਾਂ ਦੇ ਰਾਜ ਵੇਲੇ, ਤੇ ਹੁਣ ਉਹਨੂੰ ਚੱਕ ਰਹੇ ਨੇ। ਚੱਕਿਆ ਕਾਹਤੋਂ ਜਾਂਦਾ? ਅਸੀਂ ਤਾਂ ਕਹਿੰਦੇ ਉੱਥੇ 18-20 ਮੰਜਿਆਂ ਦਾ ਹਸਪਤਾਲ ਬਣਨ ਦਾ ਆਰਡਰ ਹੋਣਾ ਚਾਹੀਦਾ ਸਰਕਾਰ ਵੱਲੋਂ, ਬਸ। ਬਿਲਕੁਲ, ਤਾਂ ਅਸੀਂ ਇੱਥੇ ਗੱਲਾਂ ਬਾਤਾਂ ਕਰੀਆਂ ਨੇ, ਤੁਹਾਨੂੰ ਤਕਰੀਬਨ ਜਿਹੜੀ ਕਿ ਸਾਰੀ ਰਿਪੋਰਟ ਆ ਉਹ ਦਿਖਾ ਦਿੱਤੀ ਆ। ਹੁਣੇ ਆਏ ਹੋ ਬਜ਼ੁਰਗੋ ਘਰੋਂ? ਤੁਰੇ ਹੀ ਆਏ ਹੋ? ਹਾਂਜੀ, ਤੁਰੇ ਆਏ। ਕੱਲ ਇੱਥੇ ਕਹਿੰਦੇ ਖਾਸਾ ਕੁਛ ਰੌਲਾ ਪੈ ਗਿਆ, ਕਹਿੰਦੇ ਕਾਫੀ ਕੁਛ ਵਾਪਰ ਗਿਆ। ਪਤਾ ਲੱਗਿਆ, ਮੈਂ ਹੈ ਨਹੀਂ ਸੀ ਇੱਥੇ, ਬਾਹਰ ਸੀਗਾ, ਮੈਂ ਹੈ ਨਹੀਂ ਸੀ ਇੱਥੇ। ਪਹਿਲਾਂ ਦੇਖਿਆ ਉਹਦੀ ਉਮਰ ਦੇ ਵਿੱਚ ਅਜਿਹਾ ਕੁਛ ਹੁੰਦਾ? ਮੈਂ ਇਹੋ ਜਿਹਾ ਕੁਛ ਨਹੀਂ ਦੇਖਿਆ ਜੀ, ਨਹੀਂ ਦੇਖਿਆ ਜੀ। ਦੇਖਿਆ ਬਥੇਰੇ, ਚਲੋ ਸਿਆਸੀ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਆਪਦੇ ਵਿਚਾਰ ਰੱਖਦੀਆਂ ਵੀ ਚਲੋ ਚੰਗੀ ਗੱਲ ਹੈ ਜੇ ਉਹ ਪਿੰਡ ਦਾ ਕੋਈ ਕੰਮ ਹੁੰਦਾ ਸੀ। ਪਰ ਜਦੋਂ ਸਰਪੰਚ ਸਾਹਿਬ ਨੇ ਸੁਝਾਅ ਦਿੱਤੇ ਤਾਂ ਮੰਨ ਲੈਣਾ ਚਾਹੀਦਾ ਸੀ ਵੀ ਗੱਲ ਸੁਣੀ ਹੈ। ਗੱਲ ਵੀ ਰੌਲਾ ਪਿਆ ਜਿਸ ਗੱਲ ਕਰਤੀ ਵੀ ਜੇ ਉਹਨਾਂ ਕੋਲ ਨਹੀਂ ਫੰਡ ਸੀ, ਬਿਲਡਿੰਗ ਸੀਗੀ ਇੱਥੇ, ਬਿਲਡਿੰਗ ਮਤਲਬ ਸਰਪੰਚ ਸਾਹਿਬ ਦੇ ਦਿੰਦੇ ਵੀ ਉੱਥੋਂ ਸਾਡੇ ਪਹਿਲਾਂ ਹੀ ਡਾਕਟਰ ਨਹੀਂ ਬਹਿੰਦਾ, ਸਾਡੇ ਪਹਿਲਾਂ ਹਸਪਤਾਲ ਬਣਿਆ ਵਾ, ਸਾਨੂੰ ਤਾਂ ਹੋਰ ਉੱਥੇ ਮਤਲਬ ਬਿਸਤਰਿਆਂ ਦਾ ਚਾਹੀਦਾ। और बार मैं सफाई सेवक सारे पिंड का भाई, मैं कहना सफाई सेवक आज दिन लेकर मैं दूजा नहीं है ਸ਼ਰਾਬ ਜੀ। ਹਾਂਜੀ, ਤਾਂ ਅਸੀਂ ਇੱਥੇ ਜਿਹੜੀ ਗੱਲਬਾਤ ਹੈ ਸਫਾਈ ਸੇਵਕ ਨੇ, ਉਹਨਾਂ ਨੇ ਵੀ ਇੱਧਰ SHO ਸਾਹਿਬ ਲੰਘੇ ਹੈਗੇ, ਕਿੱਧਰ ਲੰਘੇ SHO ਸਾਹਿਬ? ਸਿਮਰਨਜੀਤ ਸਿੰਘ ਮਾਨ ਵੀ ਪਹੁੰਚ ਚੁੱਕੇ ਨੇ, ਤੁਸੀਂ ਦੇਖ ਸਕਦੇ ਹੋ ਤਸਵੀਰ ਆ। ਸਰਦਾਰ ਸਿਮਰਨਜੀਤ ਸਿੰਘ ਮਾਨ ਪਹੁੰਚੇ ਨੇ, ਤਾਂ ਅਸੀਂ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕੱਲ ਕਾਫੀ ਕੁਝ ਵਾਪਰਿਆ ਇੱਥੇ। ਸਪੋਰਟ ਦੀ ਗੱਲ ਕਰ ਰਹੇ ਨੇ ਸਿਮਰਨਜੀਤ ਸਿੰਘ ਮਾਨ, ਸੰਗਰੂਰ ਤੋਂ MP ਜਿੱਤੇ ਹੋਏ ਨੇ ਜਿਮਨੀ ਚੋਣ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਅੱਜ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਇੱਥੇ ਤੁਹਾਨੂੰ ਅਸੀਂ ਤਸਵੀਰ ਦਿਖਾ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ। ਤਾਂ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਨਾਲ ਗੁਰਜੰਟ ਸਿੰਘ ਕੱਟੂ, ਰਣਦੀਪ ਸਿੰਘ, ਤਾਂ ਇਹ ਸਾਰੇ ਜਿਹੜੇ ਪਾਰਟੀ ਦੇ ਮੈਂਬਰ ਨੇ ਉਹ ਵੀ ਪਹੁੰਚੇ ਨੇ। ਤਾਂ ਇੱਥੇ ਅਸੀਂ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਤੁਸੀਂ ਦੇਖ ਸਕਦੇ ਹੋ, ਇੱਕ ਪਾਸੇ MLA ਗਾਲਾਂ ਕੱਢਦੇ ਨੇ ਤਾਂ ਦੂਜੇ ਪਾਸੇ MP ਮਾਨ ਸਨਮਾਨ ਦਿੰਦੇ ਨੇ। ਤਾਂ ਸਾਡੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ। ਇੱਕ ਪਾਸੇ ਫੰਡ ਦੇ ਕੇ ਜਾਂਦੇ ਨੇ ਸਹਿਣਾ ਪਿੰਡ ਨੂੰ, ਤਾਂ ਇੱਕ ਪਾਸੇ MLA ਗਾਲਾਂ ਕੱਢਦੇ ਦਿਖਾਈ ਦਿੰਦੇ ਨੇ।
ਤਾਂ ਅਸੀਂ ਇਸ ਮਾਨ ਸਾਹਿਬ ਨੇ 5 ਲੱਖ ਦਾ ਐਲਾਨ ਕੀਤਾ ਹਸਪੀਟਲ ਨੂੰ, ਜਿਹੜੇ ਹਸਪੀਟਲ ਦੀ ਗੱਲ ਨੂੰ ਲੈ ਕੇ ਸਰਪੰਚ ਨੂੰ ਗਾਲਾਂ ਕੱਢੀਆਂ ਆ ਐਮਐਲਏ ਦੇ ਵੱਲੋਂ। ਮਾਨ ਸਾਹਿਬ ਤੁਸੀਂ 5 ਲੱਖ ਦਾ ਐਲਾਨ ਕਰਦੇ ਹੋ, ਦੂਜੇ ਪਾਸੇ ਐਮਐਲਏ ਗਾਲਾਂ ਕੱਢ ਰਹੇ ਨੇ। ਚਲੋ ਫਿਰ ਇਹਦਾ ਤਾਂ ਇਹ ਜਵਾਬ ਨਹੀਂ ਨਾ ਦੇ ਸਕਦੇ ਕੁਛ ਵੀ, ਕਿਉਂ ਕਰਕੇ ਸਰਪੰਚ ਬੁਨਿਆਦ ਹੈ ਸਾਡੀ ਜਮਹੂਰੀਅਤ ਦੀ ਜੀ, ਤੇ ਇਹਦੇ ਨਾਲ ਖੜਨਾ ਹਰੇਕ ਆਦਮੀ ਨੂੰ ਚਾਹੀਦਾ ਹੈਗਾ, ਕਿਉਂ ਕਰਕੇ ਹਰੇਕ ਆਦਮੀ ਦੇ ਦੁੱਖ ਸੁੱਖ ਸਰਪੰਚ ਸੁਣਦਾ, ਐਮਐਲਏ ਨਹੀਂ ਸੁਣ ਸਕਦਾ, ਐਮਪੀ ਨਹੀਂ ਸੁਣ ਸਕਦਾ, ਹੋਰ ਕੋਈ ਨਹੀਂ ਸੁਣ ਸਕਦਾ। ਸਰਪੰਚ ਹੈ ਜਿਹੜਾ ਸਾਰੇ ਦੁੱਖ ਤਕਲੀਫ ਸੁਣਦਾ ਹੈਗਾ, ਤੇ ਇਹਦੀ ਇੱਜ਼ਤ ਹੋਣੀ ਚਾਹੀਦੀ ਹੈ, ਨਾ ਕਿ ਇਹਨੂੰ ਡਰਾਵੇ ਦੇਣੇ ਚਾਹੀਦੇ ਮਾਨ ਆ। ਸਾਹਿਬ ਜਿਹੜਾ ਤੁਸੀਂ ਪਰਚੇ ਦੀ ਗੱਲ ਕਰੀ ਹੈ, ਇਹ ਮੁੱਦਾ ਜਿਹੜਾ ਇਹ ਗਾਲਾਂ ਕੱਢੀਆਂ ਗਈਆਂ ਐਮਐਲਏ ਦੇ ਵੱਲੋਂ, ਤੁਸੀਂ ਲੋਕ ਸਭਾ ਦੇ ਵਿੱਚ ਇਹ ਚੁੱਕੋਗੇ? ਜੇ ਟਾਈਮ ਮਿਲਿਆ ਤਾਂ ਚੱਕਾਂਗੇ, ਪਰ ਇਹ ਮੇਰਾ ਮਤਲਬ ਹੋਰ ਬੜੇ ਮੁੱਦੇ ਹੁੰਦੇ ਆ ਤੇ ਵਿੱਚ ਗੱਲ ਕਰਦਿਆਂ ਫਸਾ ਸਕਾਂਗੇ ਕਿਸੇ ਗੱਲਬਾਤ ਦੇ ਵਿੱਚ। ਜੀ ਬਿਲਕੁਲ, ਤਾਂ ਅਸੀਂ ਇੱਥੇ ਗੱਲਬਾਤ ਕਰੀ ਆ, ਤੁਸੀਂ ਦੇਖ ਸਕਦੇ ਹੋ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਸਾਡੇ ਨਾਲ ਮੌਜੂਦ ਸਨ, ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰੀ ਆ। ਤਾਂ ਅੱਜ ਸਰਪੰਚ ਦੇ ਹੱਕ ਦੇ ਵਿੱਚ ਪਹੁੰਚੇ ਸੀ, ਸਿਮਰਨਜੀਤ ਸਿੰਘ ਮਾਨ ਤਾਂ ਇੱਥੇ ਇੱਕ ਪਾਸੇ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਇੱਕ ਪਾਸੇ ਲੋਕਾਂ ਦੇ ਵੱਲੋਂ ਚੁਣੇ ਹੋਏ ਸਰਪੰਚ ਨੂੰ, ਲੋਕਾਂ ਦੇ ਵੱਲੋਂ ਹੀ ਚੁਣੇ ਹੋਏ ਐਮਐਲਏ ਦੇ ਵੱਲੋਂ ਗਾਲਾਂ ਕੱਢੀਆਂ ਗਈਆਂ, ਤਾਂ ਦੂਜੇ ਪਾਸੇ ਲੋਕਾਂ ਦੇ ਵੱਲੋਂ ਚੁਣੇ ਹੋਏ ਐਮਪੀ ਦੇ ਵੱਲੋਂ ਪਿੰਡ ਨੂੰ ਫੰਡ ਦੀ ਗੱਲ ਕਰੀ ਗਈ। 5 ਲੱਖ ਦਾ ਐਲਾਨ ਕੀਤਾ ਗਿਆ ਕਿ ਉਸੇ ਹਸਪੀਟਲ ਦੇ ਵਿੱਚ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਤਾਂ ਅਸੀਂ ਆਪਣੇ ਫੰਡ ਦੇ ਵਿੱਚੋਂ 5 ਲੱਖ ਰੁਪਇਆ ਦੇਵਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਗਰਾਊਂਡ ਜ਼ੀਰੋ ਤੇ ਰਿਪੋਰਟ ਆ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਸਾਰੇ ਪਿੰਡ ਨੂੰ ਕੱਲੇ ਸਰਪੰਚ ਨੂੰ ਨਾ ਕਹ, ਸਾਰੇ ਪਿੰਡ ਨੂੰ ਕੱਢੀਆਂ ਜਾਂ ਇੱਥੇ ਆਏ ਦਿਨ ਬਾਲੇ ਸਾਡੇ ਨਾਲ, ਅੱਜ ਤੇ ਮਰਜ਼ੀ ਆਏ ਹਾਂ ਸਾਰੇ ਐਮਐਲਏ ਲੈਬ ਸ਼ਕਾਬ ਦੇ। ਕਿੰਨੀ ਉਮਰ ਹੋ ਗਈ ਬਾਬਾ ਤੁਹਾਡੀ? 80 ਸਾਲ ਦੀ ਹੋ ਗਈ ਜੀ। 80 ਸਾਲਾਂ ਦੀ ਦੇਖਿਆ ਪਹਿਲਾਂ ਕੋਈ ਅਜਿਹਾ ਐਮਐਲਏ ਐਮਪੀ ਜਿਹੜਾ ਪਿੰਡ ਨੂੰ ਆ ਕੇ ਬੋਲੇ? ਸਾਰੇ ਉੱਤੇ ਫਿਰਦੇ ਨਾਲ, ਇਹਦੇ ਤੁਰੇ ਫਿਰਦੇ ਇਹਦੇ ਨਾਲ ਹੀ ਸਾਰੀ ਉਮਰ ਪਹਿਲਾਂ ਮੁੱਢਾ ਸੀ ਇਹਦੇ। ਇਹ ਗਦਾਰਾਂ ਨਾਲ ਤਾਂ ਕਿੱਥੇ ਰੁਲਦੇ ਆ। ਸੱਚਾ ਮੋਬਾਈਲ ਵੇਚਦਾ, ਟਰਾਂਸਫਾਰਮ ਵੇਚਦਾ, ਚੋਰ ਖੜਾ ਕਰਕੇ ਉਹ ਬਣਾਤਾ। ਚੋਰ ਨੇ ਚੋਰੀ ਵਾਲੀ ਗੱਲ ਕੀਤੀ, ਬਦਮਾਸ਼ਾਂ ਵਾਲੀ ਗਾਲਾਂ ਕੱਢ ਗਿਆ। ਤੇ ਕੱਲ ਇੱਥੇ ਹੁੰਦੇ ਤਾਂ ਫਿਰ ਢਿੱਡ ਨਾ ਪਾੜ ਦਿੰਦੇ, ਸ਼ੱਕ ਅੰਦਰ ਜਾ ਵੜਦੇ ਤਾਂ ਇੱਕ ਜਾਂਦੀ ਅੰਦਰ ਵੀ ਬੰਦੇ ਜਾਂਦੇ ਨੇ। ਕਿਹੜਾ ਬੋਲਦਾ? ਬਹੁਤ ਵੱਡੀ ਗਲਤੀ ਕੀਤੀ ਇਹਨਾਂ ਨੇ, ਬਹੁਤ ਬੇਕੂਫੀ ਕੀਤੀ। ਇਦੋਂ ਬੇਕੂਫੀ ਹੋਰ ਕੋਈ ਹੋ ਸਕਦੀ ਆ? ਸਰਪੰਚ ਨੂੰ ਉਹਦੇ ਪਿਓ ਦੇ ਕਾਤਲ ਨੂੰ ਆਪ ਕਹੇ ਹੋਵੇ ਅੰਦਰ, ਉਹਦਾ ਪਿਓ ਉਹ ਤੋਂ ਮਰਿਆ। ਅਸੀਂ ਕਹਿ ਰਹੇ ਉਹਦਾ ਪਿਓ ਉਹਨੇ ਮਾਰਿਆ ਆਪ। ਕੋਈ ਸਬੂਤ ਹੈ? ਤੁਸੀਂ ਇਹ ਗੱਲ ਬੜੀ ਵੱਡੀ ਕਹਿ ਰਹੇ ਹੋ ਅੱਜ ਇੱਥੇ ਖੜ ਕੇ ਲੋਕਾਂ ਨੇ, ਕਿਉਂਕਿ ਉਹ ਗੁੱਸੇ ਹੋ ਗਿਆ। ਉਹ ਕਿਹਦੇ ਨਾਲ ਮਰਿਆ? ਤੇ ਉਹਦੀ ਮਾਂ ਨਾਲ, ਉਹਦੇ ਨਾਲ ਤੋਇਆ। ਉਹ ਕਿਹਦੇ ਨਾਲ ਗੁੱਸੇ ਹੋਇਆ? ਦੱਸੇ ਕਿਹਦੇ ਨਾਲ ਗੁੱਸੇ ਹੋ ਕੇ ਮਰਿਆ? ਰਿਪੋਰਟ ਤਾਂ ਦੇਵੇ ਮੇਰਾ ਪਿਓ ਮਰਿਆ। ਉਹ ਤਾਂ ਕਹਿੰਦੇ ਅਟੈਕ ਆਇਆ, ਰਿਪੋਰਟਾਂ ਦਿੱਤੀਆਂ ਨੇ, ਕਹਿੰਦੇ ਰਿਪੋਰਟਾਂ ਦੇ ਵਿੱਚ ਕਢਾ ਦਿੱਤੀਆਂ ਜੀ ਪੈਸੇ ਤੇ ਐਮਐਲਏ ਕਾ ਕਢਾ ਦਿੱਤੀਆਂ। ਬਾਈ ਖੜੇ ਨੇ, ਬਾਈ ਨੌਜਵਾਨੋ, ਕੱਲ ਤੁਹਾਡੇ ਪਿੰਡ ਦੇ ਸਰਪੰਚ ਦੇ ਨਾਲ ਕਾਫੀ ਵਧੀਕੀ ਹੋਈ ਆ। ਇੱਕ ਮੇਰੇ ਪਿੰਡ ਤਾਂ ਗਿੱਲ ਗੁੱਠੇ ਜਿਉਂ ਸਹਿਣੇ ਨਾਲ ਹੀ ਹੈ। ਹਾਂਜੀ ਆਜੋ ਉਰੇ ਨੂੰ ਆਜੋ ਬਾਬੇ, ਉਰੇ ਨੂੰ ਆਜੋ। ਅੱਜ ਅਸੀਂ ਗੱਲਾਂ ਕਰਨੇ ਆਏ ਆ ਪਿੰਡ ਦੇ ਨਾਲ। ਜਿੱਥੇ ਮਰਜ਼ੀ ਆ ਜੇ, ਇੱਥੇ ਮਰਜ਼ੀ ਜਦੋਂ ਮਰਜ਼ੀ ਆ ਜੇ, ਤੈਨੂੰ ਦੱਸ ਕੇ ਵੀ ਅਸੀਂ ਆਉਂ ਨਾ ਤੇਰਾ ਸਾਫ ਤੇ ਜਾਵੜਾ ਫਿਰ ਦੇਖ ਲਾਂਗੇ ਜੀ। ਗਾਉਂ ਸਣੇ ਕਦੀ ਮੂੰਹ ਵੀ ਕਰਕੇ ਤਾਂ ਕਹਿ ਦਿਓ ਜੀ, ਮੂੰਹ ਵੀ ਕਰਕੇ ਤਾਂ ਇਹ 76 ਪੈਣਗੇ ਤਾਂ 76। ਤੁਸੀਂ ਕੋਲੇ ਸੀ ਪ੍ਰਧਾਨ ਜੀ? ਕੀ ਗੱਲਬਾਤ ਹੋਈ ਆ ਕੱਲ? ਕਿੱਥੋਂ ਸ਼ੁਰੂ ਹੋਈ ਆ, ਕਿੱਥੇ ਜਾ ਕੇ ਖਤਮ ਹੋ ਗਈ ਇਹ ਗੱਲ? ਗੱਲਬਾਤ ਸਾਡੇ ਮਿੰਨੀ ਹਸਪਤਾਲ ਅੱਡੇ ਤੇ ਬਲਾਕ ਕਰਨੀ। ਬਾਕੀ ਇਹ ਪਹਿਲਾਂ ਤੋਂ ਸੀਗਾ। ਇੱਥੇ ਜਿਹੜੇ ਪੋਸਟਮਾਰਟਮ ਵੀ ਹੁੰਦੇ ਰਹੇ, ਅੰਗਰੇਜ਼ਾਂ ਵੇਲੇ ਦਾ ਹਸਪਤਾਲ ਆ। ਇਹ ਸਾਡੇ ਪਿੰਡ ਦੇ ਲਾਰਿਆਂ ਦਾ ਸਮਝ ਲਓ ਵੀ ਇਹ ਦਾਨ ਕੀਤੀ ਹੋਈ ਜ਼ਮੀਨ, ਪੰਚਾਇਤੀ ਜ਼ਮੀਨ ਨਹੀਂ, ਇਹਨੂੰ ਬਦਲ ਨਹੀਂ ਸਕਦੇ। ਪਹਿਲਾਂ ਕਲੇਰ ਸਰਪੰਚ ਜਦੋਂ ਬਣਿਆ ਸੀ ਉਦੋਂ ਇੱਥੋਂ ਹਸਪਤਾਲ ਬਦਲਣ ਦੀ ਗੱਲ ਕਰੀ ਸੀ। ਉਹ ਕਹਿੰਦੇ ਹਸਪਤਾਲ ਰੱਖ ਸਕਦੇ, ਬਦਲ ਨਹੀਂ ਸਕਦੇ। ਇੱਥੇ ਜਿਹੜਾ ਇਹਨਾਂ ਨੂੰ ਅਸੀਂ ਇਹ ਆਖਿਆ ਵੀ ਜਿਹੜੀ ਸਾਡੀ ਡਿਫੈਂਸਰੀ ਇਹ ਨਾ ਚੱਕੀ ਜਾਵੇ, ਇੱਥੇ ਜਿੰਨੇ ਮੁਲਾਜ਼ਮ ਪੂਰੇ ਕਰੇ ਜਾਣ। ਪੰਚਾਇਤ ਨੇ ਇਹ ਗੱਲ ਕਹੀ ਵੀ ਆਹ ਦੁਕਾਨਾਂ ਬਣੀਆਂ ਮੈਂ ਪੰਚਾਇਤ ਘਰ 'ਚ ਜਾਂ ਹੋਰ ਜਗ੍ਹਾ ਉਹ ਦੇ ਦਿੰਦੇ ਆ। ਨਹੀਂ ਤੁਹਾਨੂੰ ਜਿੱਥੇ ਚੰਗੀ ਲੱਗਦੀ ਆ, ਜੇ ਗੌਰਮੈਂਟ ਕੋਲ ਪੈਸੇ ਨਹੀਂ ਅਸੀਂ ਬਣਵਾ ਕੇ ਦੇ ਦਿੰਦੇ ਆ, ਵੀ ਸਾਡੀ ਇਹ ਬਣੀ ਵੀ ਚੀਜ਼ ਨਾ ਚੱਕੀ ਜਾਵੇ। ਤੇ ਉਦੋਂ ਬਾਅਦ ਜਦੋਂ ਇਹ ਗੱਲਾਂ ਹੋਈਆਂ, ਜਿਹੜੇ ਇਹਨਾਂ ਦੇ ਵਰਕਰ ਸਾਨੂੰ ਕਹਿੰਦੇ ਹੁੰਦੇ ਸੀ ਮਾਨ ਸਾਹਿਬ ਤੋਂ 25 ਬਿਸਤਰਿਆਂ ਦਾ ਹਸਪਤਾਲ ਮੰਗੋ। ਮੈਂ ਕਿਹਾ ਇਹਦੇ 'ਚ ਇਹ ਕੋਟੇ 'ਚ ਹੁੰਦਾ ਨਹੀਂ ਵੀ ਹੁਣ ਤੁਹਾਡੀ ਸਰਕਾਰ ਆ ਗਈ। ਇਹਨਾਂ ਦੇ ਵਰਕਰ ਕਹਿੰਦੇ ਵੀ ਸੀਗਾ, ਜਿਹੜੀ ਸਰਪੰਚ ਨੇ ਗੱਲ ਕਹੀ ਵੀ ਤੁਸੀਂ 17 ਮੰਜਾ ਦਾ ਉਹ ਕਹਿੰਦੇ ਸੀ ਹਸਪਤਾਲ ਦੇਵਾਂਗੇ। ਇਹਨੂੰ ਕਹਿੰਦੇ ਝੂਠ ਬੋਲਦਾ। ਫਿਰ ਤਰਖੀ ਕਾ ਕੇ ਕਹਿੰਦਾ ਜੇ ਸਰਪੰਚ ਤੇਰੇ ਛਿੱਤਰ ਮਾਰ ਕੇ ਅੰਦਰ ਕੀਤਾ ਹੁੰਦਾ ਫਿਰ ਤੈਨੂੰ ਪਤਾ ਲੱਗਦਾ। ਇੱਕ ਨੂੰ ਬੋਲਿਆ, ਫਿਰ ਪ੍ਰਸ਼ਾਸਨ ਨੇ ਇਹਨੂੰ ਗਾਹਾਂ ਨੂੰ ਕਰ ਲੈਣਾ ਸੀ, ਉਸ 'ਚ ਭੱਟ ਹੁੰਦੀ। ਬਿਲਕੁਲ,
ਤਾਂ ਇਹ ਪੂਰੀ ਜਿਹੜੀ ਕਹਾਣੀ ਹੋਈ ਆ ਇੱਥੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇੱਥੇ ਕਾਫੀ ਲੋਕਾਂ ਦੇ ਵਿੱਚ ਰੋਹ ਆ, ਗੁੱਸਾ ਗਾ ਕਿ ਸਾਡੇ ਪਿੰਡ ਦੇ ਸਰਪੰਚ ਨੂੰ ਆਖਰ ਇੱਕ ਐਵੇਂ ਬੋਲ ਕਿਵੇਂ ਗਿਆ। ਜਿਹੜਾ ਵਿਰੋਧ ਸੀਗਾ ਉਸ ਵਿਰੋਧ ਦੇ ਵਿੱਚ ਭਦੌੜ ਹਲਕੇ ਦੇ ਵਿਧਾਇਕ ਇਹ ਕਹਿੰਦੇ ਨਜ਼ਰ ਆਏ ਨੇ ਕਿ ਤੇਰੇ ਥੱਪੜੇ ਮਾਰੇ ਜਾਣਗੇ, ਤੈਨੂੰ ਥੱਲੇ ਸੁੱਟਿਆ ਜਾਊਗਾ। ਉਹ ਕੱਲਾ ਸਰਪੰਚ ਦੇ ਥੱਪੜ ਨਹੀਂ ਵੱਜਿਆ ਜੀ ਵੀਰ ਜੀ, ਉਹ ਸਾਰੇ ਪਿੰਡ ਦੇ ਵੱਜ ਗਿਆ। ਉਹਨਾਂ ਨੇ ਬਹੁਤ ਗਲਤ ਕਰਿਆ। ਸਰਪੰਚ ਸਾਹਿਬ ਦੇ ਨਾਲ ਸਾਰਾ ਪਿੰਡ ਆ ਜੀ ਖੜਾ। ਮੁਹੱਲਾ ਕਲੀਨਿਕ ਚਾਹੁੰਦੇ ਹੋ ਪਿੰਡ ਦੇ ਵਿੱਚ? ਇਹ ਗੱਲ ਸਾਰੇ ਲੋਕ ਚਾਹੁੰਦੇ ਸੀ। ਸਾਡੇ ਹਸਪਤਾਲ ਸੀਗੇ ਬਣਿਆ ਵੱਡਾ, ਹਸਪਤਾਲ ਚੱਕ ਕੇ ਸਰਪੰਚ ਸਾਹਿਬ ਕਹਿੰਦੇ ਸੀ ਇੱਥੇ ਸਾਨੂੰ ਜਗ੍ਹਾ ਦੇ ਦਿਓ, ਬਣੇ ਵੀ ਕਮਰੇ ਇੱਥੇ ਬਣਾ ਲਓ। ਉਹ ਤਾਂ ਇੱਕ ਜਿੱਦਬਾਜ਼ੀ ਵਾਲੀ ਗੱਲ ਹੈ ਜੀ। ਭਗਵੰਤ ਮਾਨ ਚ ਵਾਅਦਾ ਵੀ ਕਰਕੇ ਗਿਆ ਸੀ, ਕਹਿੰਦਾ ਮੈਂ 25 ਬਿਸਤਰਿਆਂ ਦਾ ਹਸਪਤਾਲ ਬਣਾਊਂ। ਇਹ ਵੀ ਸਟੇਜ ਤੇ ਬੋਲ ਕੇ ਗਿਆ ਸੀ। ਜੋ ਕੱਲ ਸਰਪੰਚ ਨੇ ਕਿਹਾ, ਕਹਿੰਦਾ ਇਹ ਕੀ ਕਰ ਰਹੇ ਹੋ, ਉਹ ਸਰਪੰਚ ਨੂੰ ਪੁੱਠਾ ਬੋਲਿਆ, ਕਹਿੰਦਾ ਤੇਰੇ ਮਾਰ ਕੇ ਲਫੇੜੇ ਤੈਨੂੰ ਅੰਦਰ ਛੱਡਿਆ ਵੇ, ਤੈਨੂੰ ਫੇਰ ਪਤਾ ਲੱਗੇ। ਇਹ ਕਹਿੰਦਾ ਜੀ ਇੱਥੇ ਫ੍ਰੀ ਟੈਸਟ ਹੋਇਆ ਕਰਨਗੇ। ਇਹਦੇ ਪਿੰਡ ਮਹੱਲਾ ਕਲੀਨਿਕ ਬਣਿਆ, ਜਾ ਕੇ ਪਹਿਲਾਂ ਉੱਥੇ ਦੇਖੋ ਵੀ ਉਹ ਕਿੰਨੇ ਕੁ ਟੈਸਟ ਹੁੰਦੇ ਆ। ਉੱਥੇ ਜਿੰਦਾ ਲੱਗਿਆ ਪਿਆ। ਜਿਹੜਾ ਮਾੜਾ ਮੋਟਾ ਇੱਥੇ ਗਰੀਬ ਜਨਤਾ ਨੂੰ ਸਹੂਲਤ ਮਿਲਦੀ ਸੀ ਉਹ ਵੀ ਗਈ। ਜੇ ਹੁਣ ਇਹ ਲੋਕ ਦੁਨੀਆ ਉੱਪਰ ਨੂੰ ਜਾ ਰਹੀ ਹੈ, ਸਾਡੇ ਪਿੰਡ ਨੂੰ ਥੱਲੇ ਨੂੰ ਲੈ ਕੇ ਜਾ ਰਿਹਾ। ਇਹ ਆਉਣਗੇ ਵੋਟਾਂ ਮੰਗਣ, ਫਿਰ ਕੀ ਉਹਨਾਂ ਨੂੰ ਪੁੱਛੋਗੇ ਕੋਈ ਗੱਲ? ਤਾਂ ਪਿੰਡ 'ਚ ਵੀ ਨਹੀਂ ਵੜਨ ਦਿੰਦੇ ਜੀ। ਉਹ ਜਿਹੇ ਬੰਦੇ ਨੂੰ ਵੀ ਸਾਡੇ ਪਿੰਡ 'ਚ ਖੁਸ਼ੀ ਆਵੇ, ਸਾਰਾ ਪਿੰਡ ਹੀ ਬਾਈਕਾਟ ਕਰੂਗਾ ਵਾਢਿਆਂ ਵਾਲਾ ਉਹਨਾਂ ਦਾ। ਸਾਡਾ ਸਰਪੰਚ ਚੁਣਿਆ ਵਾ, ਸਾਰੇ ਪਿੰਡ ਦਾ ਚੁਣਿਆ ਵਾ। ਇਹ ਥੋੜਾ ਵੀ ਉਹਨੂੰ ਜਦੋਂ ਉਹਦੀ ਹੱਦ ਕਰ ਗਿਆ ਬਾਕੀ ਕੀ ਰਹਿ ਗਿਆ ਪਿੱਛੇ ਸਾਡੇ ਕੋਲ। ਆਪਣੀ ਉਮਰ ਦੇ ਵਿੱਚ ਕਦੇ ਦੇਖਿਆ ਸੀ ਇਹੋ ਜਿਹਾ ਕੁਝ ਐਮਐਲਏ ਵੱਲੋਂ ਸਰਪੰਚ ਨੂੰ ਬੋਲਿਆ ਗਿਆ? ਅਸੀਂ ਇਹੋ ਜਿਹਾ ਬੰਦਾ ਅੱਜ ਤੱਕ ਦੇਖਿਆ ਹੀ ਨਹੀਂ ਸੀ। ਇਹ ਕਹਿੰਦਾ ਸੀ ਵੀ ਬਦਲਾਅ ਕਰੂੰਗਾ। ਹੁਣ ਥਾਂ ਥਾਂ ਤਾਂ ਚੋਰੀਆਂ ਹੋਈ ਜਾਂਦੀਆਂ, ਥਾਂ ਥਾਂ ਕੋਈ ਜਿੱਥੇ ਮਰਜ਼ੀ ਲੁੱਟ ਖੋਹ ਹੋਈ ਜਾਂਦੀ ਆ। ਆ ਸਾਡੇ ਪੜਾਂ ਵਾਲੇ ਰਾਹ ਦੇ ਵਿੱਚ ਕੋਈ ਨਹੀਂ ਲੰਘਣਾ ਦਿੰਦਾ ਹੈ। ਇਹਦੇ ਰਾਜ ਦੇ ਵਿੱਚ ਬਦਲਾਅ ਹੋਇਆ ਵਾ। ਕੁਲਚਿਆਂ ਵਾਲੇ ਤੋਂ ਵੀ ਪੈਸੇ ਖੋਹੀ ਜਾਂਦੇ। ਜੀ ਸਾਡੀ ਸਾਥੋਂ ਗਲਤੀ ਇੱਕ ਬਹੁਤ ਬੜੀ ਇਹ ਹੋ ਚੁੱਕੀ ਆ, ਜਿਹਦਾ ਅਸੀਂ ਅੱਜ ਖਮਿਆਜਾ ਭੁਗਤ ਰਹੇ ਹਾਂ ਕਿ ਅਸੀਂ ਵਿਰੋਧੀ ਧਿਰ ਹੀ ਨਹੀਂ ਰੱਖੀ। ਅਸੀਂ 92 ਦੀਆਂ 92 ਸੀਟਾਂ ਇਹਨਾਂ ਨੂੰ ਦੇ ਬੈਠੇ, ਜਦ ਕਿ ਵਿਰੋਧੀ ਧਿਰ ਹੁੰਦੀ ਤਾਂ ਅੱਜ ਇਹ ਇਹਨਾਂ ਗੱਲਾਂ ਤੇ ਨਾ ਉਤਰਦੇ, ਕਿਉਂਕਿ ਹੁਣ ਕੋਈ ਬੋਲਣ ਵਾਲਾ ਹੈ ਹੀ ਨਹੀਂ। ਅਸੀਂ ਬਖਸ਼ਦੇ ਨਹੀਂ ਸੀਗੇ। ਇੱਕ ਬੰਦਾ ਕੱਲ ਤਾਂ ਸਾਨੂੰ ਹੱਥ ਬੰਨ੍ਹ ਕੇ ਵੋਟਾਂ ਮੰਗਦਾ, ਮੇਰੀ ਮਦਦ ਕਰੋ। ਅਗਲੇ ਦਿਨ ਸਾਨੂੰ ਆ ਕੇ ਲਫੇੜੇ ਦਿਖਾਉਂਦਾ, ਕਹਿੰਦਾ ਤੁਹਾਨੂੰ ਜੇਲ੍ਹ 'ਚ ਸਿੱਟਿਆ ਹੋਵੇ, ਫਲਾਨਾ ਕਰਿਆ ਹੋਵੇ। ਉਹਨੂੰ ਅਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ? ਨਹੀਂ ਕਰਦੇ। ਐਸਐਚਓ ਸਾਹਿਬ ਤੁਸੀਂ ਕੱਲ ਨਾਲ ਸੀਗੇ ਜਿਹੜੀ ਘਟਨਾ ਵਾਪਰੀ ਆ ਇੱਥੇ ਹੋਇਆ ਜੋ ਕੁਝ ਹੋਇਆ, ਤੁਸੀਂ ਕੱਲ ਨਾਲ ਸੀਗੇ? ਜਿਹੜਾ ਇੱਥੇ ਕੱਲ ਵਿਧਾਇਕ ਦੇ ਨਹੀਂ, ਆਪਾਂ ਵੀ ਗੱਲ ਬਹੁਤ ਬਾਹਲੀ ਜ਼ਰੂਰੀ ਆ ਗੱਲ ਜਿਹੜੀ ਆਪਾਂ ਕਰ ਰਹੇ ਹਾਂ, ਲੋਕਾਂ ਦੀ ਮਸਲਾ ਹੈਗਾ। ਇਹਨੂੰ ਕਦੇ ਵੀ ਗਾਹਾਂ ਨੂੰ ਸਾਡੇ ਪਿੰਡ 'ਚ ਨਾ ਵੜੇ, ਬਸ ਅਸੀਂ ਤਾਂ ਇਹ ਤੋਂ ਬਿਨਾਂ ਹੀ ਚੰਗੇ ਆ। ਕਹਿ ਦਈਏ ਵੀ ਗਾਹਾਂ ਨੂੰ ਨਾ ਬੜੇ ਸਹਿਣੇ 'ਚ, ਕਹਿੰਦੇ ਵੀ ਸਾਡੇ ਪਿੰਡ 'ਚ ਨਾ ਵੜੇ ਐਮਐਲਏ। ਹੁਣ ਪਛਤਾਉਣੇ ਹੋ ਵੀ ਜਾਂ ਬਾਦਲਾਂ ਨੂੰ ਹੀ ਵੋਟ ਪਾ ਕੇ ਜਿਤਾ ਦਿੰਦੇ, ਜਾਂ ਚੰਨੀ ਵਰਗਿਆਂ ਨੂੰ ਜਿਤਾ ਦਿੰਦੇ? ਅਸੀਂ ਤਾਂ ਜਮਾ ਪਛਤਾਉਨੇ ਆ। ਸਾਨੂੰ ਤਾਂ ਪਤਾ ਨਹੀਂ ਸੀ ਵੀ ਅਸੀਂ ਤਾਂ ਕਿ ਵੀ ਗਰੀਬ ਘਰ ਦਾ ਪੁੱਤਾ ਚੱਲ ਬਣਾ ਦਿੰਨੇ ਆ। ਇਹਨੂੰ ਤਾਂ ਸਾਰੇ ਨੂੰ ਜਮਾ ਹੀ ਮੱਤ ਨਹੀਂ। ਮਾਨ ਸਾਹਿਬ ਤੁਸੀਂ 5 ਲੱਖ ਦਾ ਐਲਾਨ ਕਰਦੇ ਹੋ, ਦੂਜੇ ਪਾਸੇ ਐਮਐਲਏ ਗਾਲਾਂ ਕੱਢ ਰਹੇ ਨੇ। ਕਿਉਂ ਕਰਕੇ ਹਰੇਕ ਆਦਮੀ ਦੇ ਦੁੱਖ ਸੁੱਖ ਸਰਪੰਚ ਸੁਣਦਾ ਹੈ। ਐਮਐਲਏ ਨਹੀਂ ਸੁਣ ਸਕਦਾ, ਐਮਪੀ ਨਹੀਂ ਸੁਣ ਸਕਦਾ, ਹੋਰ ਕੋਈ ਨਹੀਂ ਸੁਣ ਸਕਦਾ। ਸਰਪੰਚ ਹੈ ਜਿਹੜਾ ਸਾਰੇ ਦੁੱਖ ਤਕਲੀਫ ਸੁਣਦਾ ਹੈਗਾ। ਗੱਲ ਕਰੀਏ ਇਹ ਮੁੱਦਾ ਜਿਹੜਾ ਇਹ ਗਾਲਾਂ ਕੱਢੀਆਂ ਗਈਆਂ ਐਮਐਲਏ ਦੇ ਵੱਲੋਂ, ਤੁਸੀਂ ਲੋਕ ਸਭਾ ਦੇ ਵਿੱਚ ਇਹ ਚੁੱਕੋਗੇ? ਜੇ ਟਾਈਮ ਮਿਲਿਆ ਤਾਂ ਚੱਕਾਂਗੇ, ਪਰ ਇਹ ਮੇਰਾ ਮਤਲਬ ਹੋਰ ਬੜੇ ਮੁੱਦੇ ਹੁੰਦੇ ਆ। ਕੱਲੇ ਸਰਪੰਚ ਨੂੰ ਨਾ ਕਹ ਸਾਰੇ ਪਿੰਡ ਨੂੰ ਕੱਢ ਗਏ। ਜਾਂ ਇੱਥੇ ਆਏ ਦਿਨ ਬਾਲੇ ਸਾਡੇ ਨਾਲ, ਅੱਜ ਤੇ ਮਰਜ਼ੀ ਆਏ। ਹਾਂ ਸਾਰੇ ਐਮਐਲਏ ਲੈਬ ਸ਼ਕਾਬ ਦੇ ਇੰਨੀ ਜ਼ਿਆਦਾ ਪੁਲਿਸ ਬੁਲਾ ਲਈ। ਤੁਹਾਨੂੰ ਪਤਾ ਹੁਣ ਵੀ ਅੱਜ ਗਲਾ ਵੀ ਦੁਖੀ ਜਾਂਦੇ ਆ। ਕੱਲ ਉੱਥੇ ਇੰਨਾ ਰੋਸ ਪ੍ਰਦਰਸ਼ਨ ਹੋਇਆ, ਲੋਕਾਂ ਨੇ ਇੰਨੀ ਭੈੜੀ ਹਾਲਤ ਕੀਤੀ ਵਿਧਾਇਕ ਨਾਲ। ਜਦੋਂ ਉਹਨੇ ਇਹ ਗੱਲ ਕਹੀ ਵੀ ਤੈਨੂੰ ਥੱਪੜ ਮਾਰ ਕੇ ਸੱਤਾ ਦੇ ਨਸ਼ੇ 'ਚ ਕਿਹਾ ਵੀ ਜੇ ਤੈਨੂੰ ਥੱਪੜ ਮਾਰ ਕੇ ਅੰਦਰ ਸਿੱਟਿਆ ਹੁੰਦਾ ਤਾਂ ਤੈਨੂੰ ਪਤਾ ਲੱਗ ਜਾਂਦਾ, ਪਰ ਉਹਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਸੀ। 22,000 ਆਬਾਦੀ ਵਾਲਾ ਇਹ ਕਸਬਾ ਗਾ, ਇੱਥੇ ਮੁਹੱਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਦੀ ਸਾਨੂੰ ਲੋੜ ਨਹੀਂ। ਉਹਦੇ ਪਿਓ ਦੇ ਕਾਤਲ ਨੂੰ ਆਪ ਕਹੇ ਹੋਵੇ ਅੰਦਰ, ਉਹਦਾ ਪਿਓ ਉਹ ਤੋਂ ਮਰਿਆ। ਅਸੀਂ ਕਹਿ ਰਹੇ ਉਹਦੇ ਪਿਓ ਉਹਨੇ ਮਾਰਿਆ ਆਪ। ਕੋਈ ਸਬੂਤ ਹੈ? ਤੁਸੀਂ ਇਹ ਗੱਲ ਬੜੀ ਵੱਡੀ ਕਹਿ ਰਹੇ ਹੋ ਅੱਜ ਇੱਥੇ ਖੜ ਕੇ ਲੋਕਾਂ ਨੇ, ਕਿਉਂਕਿ ਸੋ ਪੰਜਾਬ ਸਰਕਾਰ ਦੇ ਵੱਲੋਂ ਮੁਹੱਲਾ ਕਲੀਨਿਕਾਂ ਦੀ ਗੱਲ ਕਰੀ ਗਈ ਤਾਂ ਮੁਹੱਲਾ ਕਲੀਨਿਕਾਂ ਨੂੰ ਦੇਖਦੇ ਹੋਏ ਪਿੰਡ ਸਹਿਣਾ ਦੇ ਵਿੱਚ ਕੱਲ ਇੱਕ ਵਿਰੋਧ ਦਾ ਸਾਹਮਣਾ ਕਰਨਾ ਪਿਆ। ਤਾਂ ਅਸੀਂ ਅੱਜ ਪਿੰਡ ਸਹਿਣਾ ਦੇ ਵਿੱਚ ਖੜੇ ਹਾਂ, ਤੁਸੀਂ ਦੇਖ ਸਕਦੇ ਹੋ ਇੱਥੇ ਪਿੰਡ ਦੇ ਲੋਕ ਵੀ ਇਕੱਠੇ ਹੋ ਰਹੇ ਨੇ। ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹ ਮੁਹੱਲਾ ਕਲੀਨਿਕ ਚਾਹੁੰਦੇ ਨੇ ਜਾਂ ਨਹੀਂ ਚਾਹੁੰਦੇ। ਤਾਂ ਤੁਸੀਂ ਪਹਿਲਾਂ ਇਹ ਤਸਵੀਰਾਂ ਦੇਖੋ, ਇਸ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪੰਚਾਇਤ ਘਰ ਗ੍ਰਾਮ ਪੰਚਾਇਤ ਸਹਿਣਾ। ਸੰਨ 2020 ਦੇ ਵਿੱਚ ਜਿਹੜਾ ਕਿ ਪੰਚਾਇਤ ਘਰ ਬਣਾਇਆ ਗਿਆ ਸੀ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦੇ ਵੱਲੋਂ, ਤਾਂ ਉਸ ਦਾ ਕੱਲ ਭਦੌੜ ਹਲਕੇ ਦੇ ਵਿਧਾਇਕ ਦੇ ਨਾਲ ਵਿਰੋਧ ਸ਼ੁਰੂ ਹੋ ਗਿਆ।
ਜਿਹੜਾ ਵਿਰੋਧ ਸੀਗਾ ਉਸ ਵਿਰੋਧ ਦੇ ਵਿੱਚ ਭਦੌੜ ਹਲਕੇ ਦੇ ਵਿਧਾਇਕ ਇਹ ਕਹਿੰਦੇ ਨਜ਼ਰ ਆਏ ਨੇ ਕਿ ਤੇਰੇ ਥੱਪੜੇ ਮਾਰੇ ਜਾਣਗੇ, ਤੈਨੂੰ ਥੱਲੇ ਸੁੱਟਿਆ ਜਾਊਗਾ। ਅਜਿਹੀਆਂ ਗੱਲਾਂ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀਆਂ ਨੇ। ਤਾਂ ਅਸੀਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਜਿਵੇਂ ਇੰਡੋਜ਼ ਟੀਵੀ ਤੇ ਅਸੀਂ ਤੁਹਾਨੂੰ ਇੱਕ ਇੰਟਰਵਿਊ ਸੁਖਵਿੰਦਰ ਸਿੰਘ ਕਲਕੱਤਾ ਦੀ ਦਿਖਾਈ ਆ, ਤਾਂ ਉਸ ਇੰਟਰਵਿਊ ਦੇ ਚੱਲਦਿਆਂ ਹੀ ਅਸੀਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕਰੀ, ਪਰ ਵਿਧਾਇਕ ਦਾ ਜਿਹੜਾ ਫੋਨ ਸੀ ਉਹਨਾਂ ਦੇ ਵੱਲੋਂ ਚੁੱਕਿਆ ਨਹੀਂ ਗਿਆ, ਬਿਜੀ ਕਰ ਦਿੱਤਾ ਗਿਆ। ਤਾਂ ਅਜਿਹੀਆਂ ਜਿਹੜੀਆਂ ਕਿ ਅਸੀਂ ਗੱਲਾਂ ਬਾਤਾਂ ਅੱਜ ਇੱਥੋਂ ਦੇ ਲੋਕਾਂ ਦੇ ਨਾਲ ਕਰਾਂਗੇ। ਜਿਹੜੇ ਪਿੰਡ ਦੇ ਵਿੱਚੋਂ 4200 ਵੋਟ ਲਾਭ ਸਿੰਘ ਉਗੋਕੇ ਨੂੰ ਪਈ ਹੋਵੇ, ਤਾਂ ਉਸ ਪਿੰਡ ਦੇ ਸਰਪੰਚ ਦੇ ਨਾਲ ਅਜਿਹੀ ਵਧੀਕੀ ਆਖਰ ਹੋਈ ਕਿਵੇਂ? ਤਾਂ ਅਸੀਂ ਗੱਲਬਾਤ ਕਰਦੇ ਹਾਂ, ਅੰਦਰ ਚੱਲਦੇ ਹਾਂ ਇਸ ਪੰਚਾਇਤ ਘਰ ਦੇ ਵਿੱਚ। ਬਈ ਬਹੁਤ ਬਹੁਤ ਸਵਾਗਤ ਆ ਪਹਿਲਾਂ ਤੁਹਾਡਾ। ਅਸੀਂ ਤੁਹਾਡੇ ਪਿੰਡ ਦੇ ਵਿੱਚ ਪਹੁੰਚੇ ਹਾਂ। ਜਿਹੜੀ ਕੱਲ ਵਧੀਕੀ ਹੋਈ ਆ ਉਸ ਦਾ ਕੀ ਕਾਰਨ ਸੀ, ਕਿਉਂ ਹੋਈ ਆ ਉਹ ਵਧੀਕੀ? ਜੀ ਬਹੁਤ ਜ਼ਿਆਦਾ ਬਹੁਤ ਗਲਤ ਕਰਿਆ ਜੀ ਉਹਨਾਂ ਨੇ। ਜੇ ਉਹ ਸਮੇਂ ਨੂੰ ਦੇਖਦੇ ਹੋਏ ਉਹ ਗੱਲ ਨੂੰ ਟਾਲ ਸਕਦੇ ਸੀਗੇ ਜੀ। ਉਹਨਾਂ ਨੇ ਬਹੁਤ ਗਲਤ ਕਰਿਆ। ਸਰਪੰਚ ਸਾਹਿਬ ਦੇ ਨਾਲ ਸਾਰਾ ਪਿੰਡ ਆ ਜੀ ਖੜਾ, ਤੇ ਉਹਨਾਂ ਦੀ ਬਹੁਤ ਵੱਡੀ ਇਹ ਚੀਜ਼ ਤੇ ਗਲਤੀ ਆ, ਨਲਾਇਕੀ ਆ। ਜੇ ਐਮਐਲਏ ਆਮ ਲੋਕਾਂ ਦੇ ਚੁਣ ਕੇ ਇਹੋ ਜਿਹਾ ਕੁਝ ਕਰਨਗੇ ਤਾਂ ਲੋਕ ਕਿੱਥੇ ਜਾ ਕੇ ਆਪਣੀ ਸੁਣਵਾਈ ਕਰਨਗੇ ਜੀ। ਬਸ ਮੈਂ ਤਾਂ ਇੰਨਾ ਕਹਿੰਦਾ ਹੋਇਆ ਜੀ। ਬਈ ਜੀ ਮੁਹੱਲਾ ਕਲੀਨਿਕ ਚਾਹੁੰਦੇ ਹੋ ਕਿਉਂਕਿ ਪਿੰਡ ਦਾ ਸਰਪੰਚ ਵੀ ਲੋਕਾਂ ਦੇ ਵੱਲੋਂ ਚੁਣਿਆ ਗਿਆ ਤੇ ਵਿਧਾਇਕ ਵੀ ਲੋਕਾਂ ਦੇ ਵੱਲੋਂ ਚੁਣਿਆ ਗਿਆ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ, ਤਾਂ ਫਿਰ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਕਿਉਂ ਭੱਜੇ ਲਾਭ ਸਿੰਘ ਉਗੋਕੇ? ਤਾਂ ਅਸੀਂ ਇੱਥੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਜੀ ਮੁਹੱਲਾ ਕਲੀਨਿਕ ਚਾਹੁੰਦੇ ਹੋ ਪਿੰਡ ਦੇ ਵਿੱਚ? ਨਹੀਂ ਚਾਹੁੰਦੇ ਜੀ। ਵਾਹਿ ਖਾਲਸਾ ਵਾਹਿ ਫਤਿਹ। ਇਹ ਗੱਲ ਸਾਰੇ ਲੋਕ ਚਾਹੁੰਦੇ ਨੇ। ਸਾਡੇ ਹਸਪਤਾਲ ਸੀਗੇ ਬਣਿਆ ਵੱਡਾ, ਹਸਪਤਾਲ ਚੱਕ ਕੇ ਸਰਪੰਚ ਸਾਹਿਬ ਕਹਿੰਦੇ ਸੀ ਇੱਥੇ ਸਾਤੋਂ ਜਗ੍ਹਾ ਲੈ ਲਓ, ਬਣੇ ਵੀ ਕਮਰੇ ਇੱਥੇ ਬਣਾ ਲਓ। ਉਹ ਤਾਂ ਇੱਕ ਜਿੱਦਬਾਜ਼ੀ ਵਾਲੀ ਗੱਲ ਆ ਜੀ। ਗਲਤ। ਸਾਡਾ ਤਾਂ ਹਸਪਤਾਲ ਬਣਿਆ ਵਾ, ਹਸਪਤਾਲ ਚੱਕਦੇ ਆ, ਲਾਉਂਦੇ ਬਣਾਉਂਦੇ ਆ। ਅਸੀਂ ਤਾਂ ਮੰਨਦੇ ਨਹੀਂ ਇਹ ਗੱਲ ਨੂੰ। ਅਸੀਂ ਤਾਂ ਕਹਿੰਦੇ ਸਾਡੀ ਚਾਹੀਦੀ ਨਹੀਂ ਇਹ ਹਸਪਤਾਲ ਹੈਗਾ ਸਾਡੇ ਕੀ ਲੋੜ ਹੈ। ਜਿਹੜੇ ਥੱਪੜੇ ਮਾਰਨ ਦੀ ਗੱਲ ਕਰੀ ਲਾਭ ਸਿੰਘ ਉਗੋਕੇ ਦੇ ਵੱਲੋਂ, ਬਹੁਤ ਗਲਤ ਗੱਲ ਕਰੀ। ਸਾਰੇ ਪਿੰਡ ਨੂੰ ਕਿਹਾ ਜੀ ਕਿ ਸਰਪੰਚ ਥੋੜ੍ਹਾ ਕਿਹਾ ਚੁਣਿਆ ਵਾ, ਤਾਂ ਸਰਪੰਚ ਪਿੰਡ ਦਾ ਹੀ ਆ ਨਾ। ਚੁਣੇ ਬੰਦੇ ਨੂੰ ਕਹਿਣਾ, ਸਰਪੰਚ ਨੂੰ ਕਹਿਣਾ, ਤਾਂ ਸਾਨੂੰ ਕਿਹਾ, ਤਾਂ ਸਾਰੇ ਪਿੰਡ ਨੂੰ ਕਿਹਾ ਜੀ। ਹਾਂ ਗਲਤ ਕਿਹਾ ਸਾਨੂੰ, ਬਹੁਤ ਗਲਤ ਕਰਿਆ ਜੀ। ਹਾਂਜੀ ਉਹ ਕੱਲਾ ਸਰਪੰਚ ਦੇ ਥੱਪੜ ਨਹੀਂ ਵੱਜਿਆ ਜੀ ਵੀਰ ਜੀ, ਉਹ ਸਾਰੇ ਪਿੰਡ ਦੇ ਵੱਜ ਗਿਆ। ਬਾਕੀ ਉਹ ਜਿੱਥੇ ਉਹਨਾਂ ਨੇ ਮੁਹੱਲਾ ਕਲੀਨਿਕ ਬਣਾਇਆ, ਉਹ ਜਿਹੜੀ ਬਿਲਡਿੰਗ ਆ ਉਹ ਅੰਗਰੇਜ਼ਾਂ ਦੇ ਟਾਈਮ ਦੀ ਬਣੀ ਹੋਈ ਆ। ਉਹਦੇ ਤੇ 2 ਪੀਪੀਆਂ ਰੰਗ ਦੀਆਂ ਕਰਕੇ ਤੇ 2000 ਲੋਕੇਟ ਲਾ ਕੇ ਉਸੇ ਨੂੰ ਦੁਬਾਰੇ ਇਹਨਾਂ ਨੇ ਤਿਆਰ ਕੀਤਾ। ਜਦ ਕਿ ਸਰਪੰਚ ਸਾਹਿਬ ਨੇ ਇਹ ਗੱਲ ਆਖੀ ਸੀ ਵੀ ਤੁਸੀਂ ਬਣਾਉਣਾ ਜੀ ਸਦਕੇ ਬਣਾਓ, ਕੋਈ ਇਤਰਾਜ਼ ਨਹੀਂ ਸਾਨੂੰ, ਤੁਹਾਨੂੰ ਜਗ੍ਹਾ ਦੇ ਦਿੰਦੇ ਆ। ਜੇ ਤੁਸੀਂ ਤੁਹਾਡੇ ਕੋਲੇ ਬਣਾਉਣ ਨੂੰ ਪੈਸੇ ਨਹੀਂ ਹੈਗੇ, ਅਸੀਂ ਤੁਹਾਨੂੰ ਬਣੀ ਬਣਾਈ ਬਿਲਡਿੰਗ ਦੇ ਦਿੰਦੇ ਆ। ਤੇ ਇਹਦੇ ਉੱਪਰ ਹੋਰ ਉਹਨਾਂ ਨੂੰ ਕੀ ਚਾਹੀਦਾ ਸੀ? ਜਦ ਕਿ ਸਰਪੰਚ ਸਾਹਿਬ ਨੇ ਇਹ ਕਹਿਤਾ ਸੀ 1 ਤੋਲਾ ਗੋਲਡ ਦੇ ਨਾਲ ਸਨਮਾਨਿਤ ਕਰਾਂਗੇ ਅਸੀਂ ਐਮਐਲਏ ਸਾਹਿਬ ਨੂੰ। ਹੋਰ ਇਹਦੇ ਉੱਪਰ ਦੀ ਉਹਨਾਂ ਨੂੰ ਕੀ ਚਾਹੀਦਾ ਸੀ? ਉਹ ਤਾਂ ਇੱਕ ਗੁੰਡਾਗਰਦੀ ਵਾਲਾ ਕੰਮ ਹੈ ਜੀ ਜਿਹੜਾ ਉਹ ਕਰਕੇ ਗਏ ਨੇ ਪਹਿਲੀਆਂ ਸਰਕਾਰਾਂ ਵਾਂਗੂ ਜਮਾ ਜੀ। ਇਹ ਤਾਂ ਪਹਿਲੀਆਂ ਦਾ ਵੀ ਰਿਕਾਰਡ ਤੋੜਤਾ, ਪਹਿਲੀਆਂ ਦੇ ਵੀ ਰਿਕਾਰਡ ਤੋੜਤਾ। ਆ ਪੱਖੋ ਇਹਦੇ ਇਹ ਕਹਿੰਦਾ ਜੀ ਇੱਥੇ ਫ੍ਰੀ ਟੈਸਟ ਹੋਇਆ ਕਰਨਗੇ। ਇਹਦੇ ਪਿੰਡ ਮੁਹੱਲਾ ਕਲੀਨਿਕ ਬਣਿਆ, ਜਾ ਕੇ ਪਹਿਲਾਂ ਉੱਥੇ ਦੇਖੋ ਵੀ ਉਹ ਕਿੰਨੇ ਕੁ ਟੈਸਟ ਹੁੰਦੇ ਆ। ਉੱਥੇ ਜਿੰਦਾ ਲੱਗਿਆ ਪਿਆ। ਪੱਖੋ ਪਿੰਡ ਆ ਜੀ, ਉੱਥੇ ਜਿੰਦਾ ਲੱਗ ਗਿਆ। ਤੇ ਇੱਥੋਂ ਜਦੋਂ ਇਹਨੇ ਮੁਹੱਲਾ ਕਲੀਨਿਕ ਬਣਾਇਆ, ਉੱਥੇ ਸਾਡੇ ਪਿੰਡੋਂ ਡਾਕਟਰ ਚਲਾ ਗਿਆ। ਜਿਹੜਾ ਮਾੜਾ ਮੋਟਾ ਇੱਥੇ ਗਰੀਬ ਜਨਤਾ ਨੂੰ ਸਹੂਲਤ ਮਿਲਦੀ ਸੀ ਉਹ ਵੀ ਗਈ। ਜੇ ਹੁਣ ਇਹ ਲੋਕ ਦੁਨੀਆ ਉੱਪਰ ਨੂੰ ਜਾ ਰਹੀ ਹੈ, ਸਾਡੇ ਪਿੰਡ ਨੂੰ ਥੱਲੇ ਨੂੰ ਲੈ ਕੇ ਜਾ ਰਿਹਾ। ਇਹ 100 ਬਿਸਤਰੇ ਦਾ ਪਾਸ ਹੋਇਆ ਵਾ ਹਸਪੀਟਲ ਆ ਜੀ, ਤੇ ਬਣ ਰਿਹਾ ਮੁਹੱਲਾ ਕਲੀਨਿਕ। 18000 ਵੋਟ ਦਾ ਇਹ ਪਿੰਡ ਆ ਹੈ ਜੀ। 18000 ਵੋਟ ਪਿੰਡ ਮੁਹੱਲਾ ਕਲੀਨਿਕ, ਤਾਂ ਫਿਰ ਪਿੰਡ ਕਿਹੜਾ ਰਹਿ ਜੂਗਾ? ਤੁਸੀਂ ਜਦੋਂ ਇਹਨਾਂ ਨੂੰ ਜਿਤਾਇਆ ਇਹ ਕਹਿੰਦੇ ਸੀ ਕਿ ਅਸੀਂ ਇੱਥੇ ਬੈਠੇ ਰਿਹਾ ਕਰਾਂਗੇ, ਸੈਣੇ ਦੇ ਵਿੱਚੋਂ ਜਾਇਆ ਨਹੀਂ ਕਰਨਾ, ਲੋਕ ਆਖਣਗੇ ਵੀ ਇੱਥੋਂ ਤੁਰ ਜਾਓ। ਬਾਈ ਜੀ ਸਾਥੋਂ ਗਲਤੀ ਇੱਕ ਬਹੁਤ ਬੜੀ ਇਹ ਹੋ ਚੁੱਕੀ ਆ, ਜਿਹਦਾ ਅਸੀਂ ਅੱਜ ਖਮਿਆਜਾ ਭੁਗਤ ਰਹੇ ਹਾਂ ਕਿ ਅਸੀਂ ਵਿਰੋਧੀ ਧਿਰ ਨਹੀਂ ਰੱਖੀ। ਅਸੀਂ 92 ਦੀਆਂ 92 ਸੀਟਾਂ ਇਹਨਾਂ ਨੂੰ ਦੇ ਬੈਠੇ, ਜਦ ਕਿ ਵਿਰੋਧੀ ਧਿਰ ਹੁੰਦੀ ਤਾਂ ਅੱਜ ਇਹ ਇਹਨਾਂ ਗੱਲਾਂ ਤੇ ਨਾ ਉਤਰਦੇ, ਕਿਉਂਕਿ ਹੁਣ ਕੋਈ ਬੋਲਣ ਵਾਲਾ ਹੈ ਹੀ ਨਹੀਂ। ਇਹ ਮਨਾਹੀਆਂ ਕਰ ਰਹੇ ਆ, ਜਿੱਦਾਂ ਇਹਨਾਂ ਦੇ ਦਿਲ ਕਰਦਾ ਉਦਾਂ ਹੀ ਇਹ ਕਰਦੇ ਆ। ਬਿਲਕੁਲ ਬਈ ਕੀ ਲੱਗਦਾ ਇਹੀ ਸੀ ਦਿੱਲੀ ਮਾਡਲ ਜਿਹੜਾ ਪਿੰਡ ਦੇ ਸਰਪੰਚ ਨੂੰ ਕਿਹਾ ਗਿਆ ਕਿ ਅਸੀਂ ਥੱਪੜ ਮਾਰ ਦਿਆਂਗੇ? ਇਹ ਬਹੁਤ ਗਲਤ ਮੰਦਭਾਗੀ ਇਹਨਾਂ ਦੀ ਉਹ ਆ ਜਿਹੜੀ ਬੋਲਿਆ, ਬਹੁਤ ਗਲਤ ਬੋਲਿਆ। ਇਹ ਸਾਰੇ ਪਿੰਡ ਦੇ ਮੂੰਹ ਤੇ ਚਪੇੜ ਮਾਰਨ ਵਾਲਾ ਕੰਮ ਕੀਤਾ ਇਹਨਾਂ ਨੇ, ਤੇ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਕੀਤਾ ਸੀਗਾ, ਵੋਟਾਂ ਪਾਈਆਂ ਸੀਗੀਆਂ। ਤੇ ਜਿਹੜਾ ਦਿੱਲੀ ਮਾਡਲ ਤਾਂ ਬਹੁਤ ਦੂਰ ਦੀ ਗੱਲ ਆ। ਇਹਨੂੰ ਨੇ ਪੰਜਾਬ ਦਾ ਮਾਡਲ ਵੀ ਨਹੀਂ ਰਹਿਣ ਦਿੱਤਾ। ਇਹ ਜਿਹੜਾ ਪਹਿਲਾਂ ਸਰਕਾਰਾਂ ਨੇ ਜਿਵੇਂ ਬਣਿਆ ਆ ਰਿਹਾ ਸੀਗਾ, ਬਹੁਤ ਸਾਲਾਂ ਤੋਂ ਸਾਡੇ ਸਰਕਾਰੀ ਹਸਪਤਾਲ ਬਣਿਆ ਹੋਇਆ ਸੀਗਾ, ਉਹਨੂੰ ਮੁਹੱਲਾ ਕਲੀਨਿਕ ਦੇ ਵਿੱਚ ਬਦਲ ਦਿੱਤਾ ਗਿਆ ਇਹ। ਹਾਂਜੀ
ਅਸੀਂ ਤਾਂ ਇਹਨੂੰ ਚਾਹੁੰਦੇ ਨਹੀਂ ਵੀ ਸਾਡੇ ਬਣੇ, ਸਾਨੂੰ ਲੋੜ ਨਹੀਂ, ਸਾਡੇ ਹਸਪਤਾਲ ਹੈਗਾ। ਬਿਲਕੁਲ, ਤਾਂ ਪਿੰਡ ਦੇ ਲੋਕ ਹੀ ਨਹੀਂ ਚਾਹੁੰਦੇ ਕਿ ਸਾਡੇ ਮੁਹੱਲਾ ਕਲੀਨਿਕ ਬਣੇ, ਤਾਂ ਫਿਰ ਕੀ ਇਹ ਥੋਪਿਆ ਜਾ ਰਿਹਾ ਮੁਹੱਲਾ ਕਲੀਨਿਕ ਇਹਨਾਂ ਪਿੰਡ ਵਾਸੀਆਂ ਦੇ ਉੱਪਰ? ਤਾਂ ਇਹ ਵੀ ਇੱਕ ਗੱਲਬਾਤ ਕਰਾਂਗੇ। ਜਿਹੜੇ ਮੁਹੱਲਾ ਕਲੀਨਿਕਾਂ ਦਾ ਰੌਲਾ ਪਾਇਆ ਜਾ ਰਿਹਾ, ਅਸੀਂ ਇਕੱਲੇ ਪਿੰਡ ਦੇ ਵਿੱਚ ਜਾਵਾਂਗੇ। ਜਿਹੜੇ ਪਿੰਡਾਂ ਦੇ ਵਿੱਚ ਪਹਿਲਾਂ ਡਿਸਪੈਂਸਰੀਆਂ ਬਣੀਆਂ ਹੋਈਆਂ ਜਾਂ ਜਿਹੜੇ ਪਿੰਡਾਂ ਦੇ ਵਿੱਚ ਪਹਿਲਾਂ ਸੇਵਾ ਕੇਂਦਰ ਬਣੇ ਹੋਏ ਨੇ, ਉਹਨਾਂ ਸੇਵਾ ਕੇਂਦਰਾਂ ਦੇ ਉੱਪਰ ਕਈ ਥਾਵਾਂ ਤੇ ਰੰਗ ਮਾਰਦੇ ਹੋਏ ਅਸੀਂ ਤੁਹਾਨੂੰ ਪਹਿਲਾਂ ਵੀ ਤਸਵੀਰਾਂ ਦਿਖਾ ਦਿੱਤੀਆਂ ਨੇ। ਡਿਸਪੈਂਸਰੀਆਂ ਦੇ ਉੱਪਰ ਵੱਡੇ ਵੱਡੇ ਪੋਸਟਰ ਲਗਾਉਂਦੇ ਅਸੀਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਹਾਂ। ਤਾਂ ਇੱਥੇ ਲੋਕ ਨੇ ਜਿਹੜੇ ਉਹ ਸਾਡੇ ਨਾਲ ਜੁੜੇ ਹੋਏ ਨੇ। ਆਹੀ ਪਿੰਡ ਆ ਬਈ? ਹਾਂ ਜੀ, ਸਣੀ। ਕੱਲ ਸਰਪੰਚ ਦੇ ਨਾਲ ਜਿਹੜੀ ਕਿ ਵਧੀਕੀ ਹੋਈ ਆ, ਆਪਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੈਗਾ। ਐਡਾ ਰੌਲਾ ਪੈ ਗਿਆ, ਪੂਰਾ ਪੰਜਾਬ ਚੱਲ ਗਿਆ ਵਾ ਜੀ, ਲਾਮ ਗਿਆ ਜੀ ਕੱਲ ਮੈਂ ਜੀ। ਅੱਜ ਫਿਰ ਕਿਹਦੇ ਹੱਕ ਚ ਆਏ ਹੋ ਇੱਥੇ? ਤੁਹਾਨੂੰ ਪਤਾ ਬਾਈ ਵਾਂਗੂ ਕਿਤੇ ਇਹ ਨਾ ਹੋਵੇ ਵੀ ਪਤਾ ਹੀ ਨਹੀਂ ਹੈਗਾ? ਪਤਾ ਹੈਗਾ। ਹਸਪੀਟਲ ਸਾਡੇ 2 ਆ, ਇੱਕ ਹੈਗਾ ਗਾ ਉਧਰ ਆਪਣਾ ਨਹਿਰ ਵਾਲੇ ਉਹ ਪੁਲ ਤੇ ਇੱਧਰ ਅੱਡੇ ਦੇ ਉੱਤੇ ਆ, ਇੱਕ ਇੱਧਰ ਹੈਗਾ। ਤੇ ਜਾਣੇ ਦੀ ਮੁਹੱਲਾ ਕਲੀਨਿਕ ਸਰਪੰਚ ਸਾਹਿਬ ਕਹਿੰਦੇ ਵੀ ਇੱਥੇ ਬਣਾ ਲਓ, ਵੀ ਉੱਥੇ ਸਾਨੂੰ ਵੱਡਾ ਡਾਕਟਰ ਦੇ ਦਿਓ, ਵੀ ਜਾਣੇ ਦੀ 28 ਬਿਸਤਰਿਆਂ ਦਾ ਹਸਪੀਟਲ ਬਣਾਓ। ਮੁਹੱਲਾ ਕਲੀਨਿਕ ਬਣਾਉਣੇ ਇੱਥੇ ਬਣਾਓ, ਨਹੀਂ ਪਿੰਡਾਂ ਦੇ ਵਿੱਚ ਬਣਾਓ। ਜਿਵੇਂ ਇਹਦਾ ਪਿੰਡ ਆ ਛੋਟਾ ਜਿਹਾ, ਛੋਟੇ ਪਿੰਡ ਆ, 20,000 ਦੇ ਲਗਭਗ ਵੋਟ ਆ ਇੱਥੇ, ਤੇ ਵੀ ਸਾਨੂੰ ਵੱਡਾ ਡਾਕਟਰ ਚਾਹੀਏ। ਇਹਨਾਂ ਨੇ ਮੁਹੱਲਾ ਕਲੀਨਿਕ ਬਣਾਉਣੀ ਸੀ ਤਾਂ ਇੱਥੇ ਬਣਾ ਲੈਂਦੇ। ਸਰਪੰਚ ਨੂੰ ਬਹੁਤ ਗਲਤ ਬੋਲਿਆ ਇਹ ਬਹੁਤ ਮਾੜੀ ਗੱਲ ਆ ਉਹਦੀ। ਬਿਲਕੁਲ, ਤਾਂ ਇਹ ਵੀ ਇੱਥੇ ਦੱਸਿਆ ਜਾ ਰਿਹਾ ਕਿ ਕੱਲ ਪਿੰਡ ਦੇ ਬੰਦਿਆਂ ਨੂੰ ਫੋਰਸ ਲਗਾਈ ਗਈ ਹੈਗੀ, ਇੱਥੇ ਕਮਾਂਡੋ ਮੰਗਾਈ ਗਿਆ। ਅਜਿਹਾ ਕੁਝ ਹੋਇਆ ਇੱਥੇ? ਬਾਈ ਜੀ, ਇਹ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਇੱਕ ਐਮਐਲਏ ਆਵੇ ਉਦਘਾਟਨ ਕਰਨ ਵਾਸਤੇ ਔਰ ਬਾਹਰ ਧਰਨਾ ਲੱਗਿਆ ਹੋਇਆ, ਔਰ ਉਹਨਾਂ ਬੰਦਿਆਂ ਨੇ ਜਦੋਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਰੋਕਿਆ ਗਿਆ, ਗੇਟ ਲਾ ਦਿੱਤਾ ਗਿਆ। ਤੇ ਫਿਰ ਉਹਦਾ ਉਦਘਾਟਨ ਕਰਨ ਦਾ ਕਿਹਨੂੰ ਦਿਖਾਉਣ ਆਇਆ ਸੀ ਉਦਘਾਟਨ ਕਰਕੇ? ਉਹ ਇਕੱਲਾ ਹੀ ਕਰਕੇ ਗਿਆ ਔਰ ਆਪਦੇ ਪ੍ਰਸ਼ਾਸਨ ਦੇ ਜ਼ੋਰ ਨਾਲ ਕਰਕੇ ਗਿਆ। ਜੇ ਆਪਾਂ ਕਹਿ ਦਈਏ ਵੀ ਉਹ ਜਨਤਾ ਦੇ ਵਿੱਚ ਆ ਕੇ ਉਦਘਾਟਨ ਕਰਕੇ ਗਿਆ, ਉਹ ਇਹਨੂੰ ਉਦਘਾਟਨ ਨਹੀਂ ਅਸੀਂ ਮੰਨਦੇ। ਜਿਹੜਾ ਪ੍ਰਸ਼ਾਸਨ ਦੀ ਤੁਸੀਂ ਗੱਲ ਕਰੀ ਆ, ਸੈਣੇ ਦੇ ਪੁਲਿਸ ਵਾਲੇ ਸੀਗੇ ਨਾਲ? ਸੈਣੇ ਦੇ ਵੀ ਸੀਗੇ, ਬਾਹਰ ਦੀ ਵੀ ਆਈ, ਬਰਨਾਲੇ ਤੋਂ ਵੀ ਸੀਗੇ ਜੀ ਪੁਲਿਸ ਵਾਲੇ, ਤਾਂ ਮੁਲਾਜ਼ਮ ਆਏ ਹੋਏ ਸੀਗੇ, ਤਹਿਸੀਲਦਾਰ ਸੀ, ਐਸਡੀਐਮ ਸੀ, ਆਪਣਾ ਸਿਵਲ ਸਰਜਨ ਸੀਗਾ ਜੀ। ਬਿਲਕੁਲ, ਤਾਂ ਅਸੀਂ ਇੱਥੇ ਸਿਕਿਉਰਿਟੀ ਵੀ ਆਈ ਹੋਈ ਆ, ਪੁਲਿਸ ਪ੍ਰਸ਼ਾਸਨ ਵੀ ਆਇਆ ਹੋਇਆ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸੈਣੇ ਦਾ ਜਿਹੜਾ ਐਸਐਚਓ ਆ ਉਹ ਵੀ ਇੱਥੇ ਆਇਆ ਹੋਇਆ ਮੌਜੂਦ ਆ, ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਾਂਗੇ, ਗੱਲਬਾਤ ਕਰਾਂਗੇ। ਇਸੇ ਤਹਿਤ ਹੀ ਅਸੀਂ ਅੱਜ ਜਿਹੜੀ ਪੂਰੀ ਜਿਹੜੀ ਤਸਵੀਰ ਆ ਇਹ ਪਿੰਡ ਦੇ ਲੋਕਾਂ ਦੀ ਦਿਖਾ ਰਹੇ ਹਾਂ। ਕੁਲਦੀਪ ਇੱਧਰਲੇ ਪਾਸੇ ਨੂੰ ਕੈਮਰਾ ਦਿਖਾ ਦੇ ਉਰੇ ਖੜ ਕੇ, ਕਿਉਂਕਿ ਸਾਰੇ ਲੋਕ ਖੜੇ ਨੇ। ਇਹ ਸਾਰੇ ਲੋਕ ਪਿੰਡ ਸੈਣੇ ਦੇ ਨੇ, ਜਿਹੜੇ ਪਿੰਡ ਦੇ ਵਿੱਚੋਂ ਜਿਤਾਇਆ ਗਿਆ ਹੋਵੇ, ਜਿਹੜੇ ਪਿੰਡ ਦੇ ਵਿੱਚੋਂ 4200 ਤੋਂ ਵੱਧ ਵੋਟ ਲਾਭ ਸਿੰਘ ਉਗੋਕੇ ਨੂੰ ਪਈ ਹੋਵੇ, ਤਾਂ ਉਸੇ ਪਿੰਡ ਦੇ ਸਰਪੰਚ ਨੂੰ ਅਜਿਹੀ ਗੱਲ ਕਹੀ ਗਈ ਕਿ ਅਸੀਂ ਤੇਰੇ ਥੱਪੜ ਮਾਰਾਂਗੇ, ਅਸੀਂ ਤੈਨੂੰ ਅੰਦਰ ਸੁੱਟ ਲਾਂਗੇ। ਅਜਿਹੀਆਂ ਗੱਲਾਂ ਕਹੀਆਂ ਗਈਆਂ। ਬਾਬਾ ਕੱਲ ਬਹੁਤ ਵਧੀਕੀ ਹੋਈ ਆ ਪਿੰਡ ਨਾਲ, ਪਤਾ ਨਹੀਂ ਤੁਹਾਨੂੰ? ਖੇਤ ਕਿਹੜਾ ਇੰਗਲੈਂਡ 'ਚ ਹੋਣਾ, ਇੱਥੇ ਹੀ ਖੇਤ ਆ ਪਿੰਡ ਦੇ ਵਿੱਚ। ਪਤਾ ਤਾਂ ਹੋਊ ਮਾੜਾ ਮੋਟਾ ਵੀ ਕੀ ਗੱਲਬਾਤ ਹੋਈ ਆ, ਪਤਾ ਨਹੀਂ ਬਈ ਤੁਹਾਨੂੰ ਪਤਾ ਕੁਛ? ਹਾਂਜੀ, ਬਹੁਤ ਮੰਦਭਾਗੀ ਗੱਲ ਹੈ ਜੀ ਇਹ, ਜਿਹੜੀ ਸਰਪੰਚ ਨੂੰ ਥੱਪੜ ਮਾਰਨ ਵਾਲੀ ਗੱਲ ਕਹੀ ਗਈ ਉਹਨਾਂ ਦੇ ਵਾਸਤੇ। ਤੇ ਗਲਤ ਆ ਜੀ ਪਿੰਡ ਲਾਭ ਸਿੰਘ ਉਗੋਕੇ ਵਾਸਤੇ ਜੀ। ਤੇ ਉਹ ਹਸਪੀਟਲ ਤਾਂ ਮਸਾ ਹਸਪੀਟਲ ਮਿਲਿਆ ਹੋਇਆ ਜੀ, ਉਸ ਨੂੰ ਕਿੱਥੇ ਅਪਗ੍ਰੇਡ ਕਰਕੇ ਵੱਡਾ ਕਰਨਾ ਚਾਹੀਦਾ ਸੀਗਾ ਜੀ। ਉਹਨੂੰ ਨੀਚੇ ਲੈ ਕੇ ਆ ਰਿਹਾ, ਥੱਲੇ ਆ ਗਿਆ। ਉੱਥੇ ਇਹ ਵੀ ਕਿਹਾ ਗਿਆ ਵੀ ਉਹਨਾਂ ਨੂੰ ਜਗ੍ਹਾ ਪਾਸੇ ਤੇ ਜਗ੍ਹਾ ਦੇ ਦਿੰਦੇ ਹੈਗੇ, ਵੀ ਕਿਤੇ ਵੀ ਬਣਾ ਲਓ ਪਾਸੇ ਤੇ ਜਗ੍ਹਾ, ਜੇ ਨਹੀਂ ਤੁਹਾਡੇ ਕੋਲ ਇਹ ਜਗ੍ਹਾ ਪਈ ਬਿਲਡਿੰਗ ਵੀ ਦੇ ਦਿੰਦੇ ਹੈਗੇ। ਇਸ ਕਰਕੇ ਉਹਨੂੰ ਤੇ ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਪਹਿਲਾਂ ਕਿਹਾ ਜੀ ਵੀ 17 ਬਿਸਤਰੇ ਦਾ ਹਸਪਤਾਲ ਦੇਵਾਂਗੇ, ਤੇ ਇਸ ਗੱਲ ਤੇ ਉਹ ਗਰਮ ਹੋ ਗਿਆ ਵੀ ਉਦੋਂ ਥੱਪੜ ਮਾਰ ਕੇ ਉਹਨੂੰ ਅੰਦਰ ਛੱਡ ਦਿਆਂਗੇ। ਤੇ ਬਹੁਤ ਗਲਤ ਗੱਲ ਹੈ ਜੀ। ਬਿਲਕੁਲ, ਤਾਂ ਹਰ ਕੋਈ ਇਹੀ ਕਹਿ ਰਿਹਾ ਕਿ ਬਹੁਤ ਗਲਤ ਗੱਲ ਹੈ। ਇੱਥੇ ਅਸੀਂ ਨੌਜਵਾਨਾਂ ਦੇ ਨਾਲ ਵੀ ਗੱਲ ਕਰਾਂਗੇ, ਇੱਥੇ ਬਜ਼ੁਰਗਾਂ ਦੇ ਨਾਲ ਜਿੱਥੇ ਅਸੀਂ ਗੱਲ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ ਪੰਚਾਇਤ ਘਰ ਦੀ, ਜਿਹੜੇ ਪੰਚਾਇਤ ਘਰ ਦੇ ਉੱਪਰ ਜਦੋਂ ਅਸੀਂ ਸੁਖਵਿੰਦਰ ਸਿੰਘ ਕਲਕੱਤੇ ਦੇ ਨਾਲ ਗੱਲ ਕਰੀ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਪਿੰਡ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਇਸ ਪੰਚਾਇਤ ਘਰ ਦੇ ਉੱਪਰ ਲਗਾਏ ਨੇ। ਸਰਕਾਰ ਦੇ ਵੱਲੋਂ ਜੋ ਫੰਡ ਆਇਆ ਸੀ ਪਹਿਲੀਆਂ ਸਰਕਾਰਾਂ ਦੇ ਵੱਲੋਂ, ਉਹ ਫੰਡ ਵੱਖਰਾ ਸੀ, ਪਰ ਅਸੀਂ ਪਿੰਡ ਦੇ ਵਿੱਚੋਂ ਵੀ ਪੈਸੇ ਇਕੱਠੇ ਕਰਕੇ ਇਸ ਨੂੰ ਇੱਕ ਪੰਚਾਇਤ ਘਰ ਦਾ ਰੂਪ ਦਿੱਤਾ। ਬਾਈ ਨੌਜਵਾਨ ਨੂੰ ਕੱਲ ਜਿਹੜੀ ਘਟਨਾ ਵਾਪਰੀ ਤੁਹਾਡੇ ਪਿੰਡ ਦੇ ਵਿੱਚ, ਉਸ ਬਾਰੇ ਜਾਣੂ? ਹਾਂਜੀ, ਜਾਣੂਗਾ। ਕੀ ਲੱਗਦਾਗਾ ਪਿੰਡ ਦੇ ਲੋਕਾਂ ਨੇ ਇੰਨਾ ਮਾਣ ਸਨਮਾਨ ਦਿੱਤਾ ਤੇ ਉਹਨਾਂ ਨੇ ਤੁਹਾਨੂੰ ਮਾਣ ਸਨਮਾਨ ਦਾ ਜਵਾਬ ਦਿੱਤਾ ਐਮਐਲਏ ਨੇ? ਨਹੀਂ ਜੀ, ਅਸੀਂ ਮਤਾ ਹੀ ਪਤਾ ਸੀ ਕਾਰਵਾਈ 'ਚ ਵੀ ਅਸੀਂ ਜਗ੍ਹਾ ਦੇਣ ਨੂੰ ਇੱਥੇ ਵੀ ਤਿਆਰ ਸੀਗੇ ਜੀ। ਤੇ ਉਹਨਾਂ ਨੇ ਕੱਲ ਜੋ ਕੀਤਾ ਜੀ, ਮਾੜਾ ਕੀਤਾ ਜੀ। ਉਹ ਸਰਪੰਚ ਸਾਹਿਬ ਅੰਦਰ ਬੈਠੇ ਨੇ, ਸਰਪੰਚ ਸਾਹਿਬ ਦੇ ਨਾਲ ਸਾਡੀ ਗੱਲਬਾਤ ਹੋਈ ਸੀ। ਸਰਪੰਚ ਸਾਹਿਬ ਨੂੰ ਕਾਫੀ ਜਿਹੜਾ ਕਿ ਭਾਵੁਕ ਵੀ ਹੋਏ ਨੇ ਰਾਤ ਸਾਡੇ ਕੋਲ ਬੈਠੇ। ਮੈਂ ਜੀ ਪੰਚਾਇਤ ਮੈਂਬਰ ਆ, ਮੈਂ ਵੀ ਪੰਚਾਇਤ 'ਚ ਹੀ ਹਾਂ ਜੀ। ਜ਼ਿਆਦਾ ਬੋਲਿਆ ਨਹੀਂ ਜੀ, ਬਾਕੀ ਇੱਧਰ ਵਿਊ ਲੈ ਲਓ ਜੀ ਇਹਨਾਂ ਦੇ। ਬਿਲਕੁਲ, ਤਾਂ ਇਹ ਜਿਹੜੀ ਅਸੀਂ ਮੁਲਾਕਾਤ ਇੱਥੇ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਇੱਥੇ ਹਰ ਇੱਕ ਦੇ ਨਾਲ ਅਸੀਂ ਗੱਲਬਾਤ ਕਰਾਂਗੇ।
ਬਾਬਾ ਕੱਲ ਜਿਹੜਾ ਕੁਝ ਵਾਪਰਿਆ ਇੱਥੇ, ਕੱਲ ਤੁਸੀਂ ਮੌਜੂਦ ਸੀ ਇੱਥੇ, ਹੈਗੇ ਸੀਗੇ? ਅਸੀਂ ਲੇਟ ਗਏ ਆ ਜੀ ਬਾਵਾ। ਹਾਂ, ਉਦੋਂ ਜਾਂਦਿਆਂ ਨੂੰ ਕੰਮ ਚੱਲੀ ਜਾਂਦਾ ਸੀਗਾ। ਉਹ ਕਹਿੰਦੇ ਵੀ ਅਸੀਂ ਉਹ ਛੋਟਾ ਕਰਨਾ ਹੈ, ਅਸੀਂ ਕਹਿੰਦੇ ਸੀ ਵੀ ਇਹਦਾ ਕੰਮ ਤੁਹਾਡਾ ਠੀਕ ਨਹੀਂ ਆ, ਤੁਸੀਂ ਇਹਨੂੰ ਇਹ ਤੋਂ ਵੱਡਾ ਬਣਾਓ। ਭਗਵੰਤ ਮਾਨ ਇੱਥੇ ਵਾਅਦਾ ਵੀ ਕਰਕੇ ਗਿਆ ਸੀ, ਕਹਿੰਦਾ ਮੈਂ 25 ਬਿਸਤਰਿਆਂ ਦਾ ਹਸਪਤਾਲ ਬਣਾਊਂ। ਇਹ ਵੀ ਸਟੇਜ ਤੇ ਬੋਲ ਕੇ ਗਿਆ ਸੀ। ਜੋ ਕੱਲ ਸਰਪੰਚ ਨੇ ਕਿਹਾ, ਕਹਿੰਦਾ ਇਹ ਕੀ ਕਰ ਰਹੇ ਹੋ, ਉਹ ਸਰਪੰਚ ਨੂੰ ਪੁੱਠਾ ਬੋਲਿਆ, ਕਹਿੰਦਾ ਤੇਰੇ ਮਾਰ ਕੇ ਲਫੇੜੇ ਤੈਨੂੰ ਅੰਦਰ ਛਿੱਟਿਆ ਹੋਵੇ, ਤੈਨੂੰ ਫੇਰ ਪਤਾ ਲੱਗੇ। ਜਾਣੇ ਸਾਨੂੰ ਪਿੰਡ ਨੂੰ ਵਿਆਹ ਵਰਗਾ ਲੱਗਿਆ ਵੀ ਸਾਡੇ ਪਿੰਡ 'ਚ ਇਹੋ ਜਿਹਾ ਬੰਦਾ ਆਉਣਾ ਨਹੀਂ ਚਾਹੀਦਾ ਮੁੜ ਕੇ। ਬਾਈ ਇੰਨੀ ਗੱਲ ਹੀ ਸੁਣੀ ਆ ਜੀ। ਉਹ ਤਾਂ ਕਹਿੰਦੇ ਰਹਿੰਦੇ ਸੀਗੇ ਵੋਟਾਂ ਤੋਂ ਪਹਿਲਾਂ ਕਿ ਸਰਕਾਰ ਆ ਜਿਹੜੀ ਆ ਸੱਥਾਂ 'ਚੋਂ ਚੱਲਿਆ ਕਰੂਗੀ, ਆ ਲੋਕਾਂ ਨਾਲ ਅਸੀਂ ਗੱਲ ਆ ਕੇ ਕਰਿਆ ਕਰਾਂਗੇ, ਸਲਾਹ ਮਸ਼ਵਰੇ ਕਰਿਆ ਕਰਾਂਗੇ, ਤੁਹਾਡੇ ਨਾਲ ਕਰੀਏ ਗੱਲ ਸਲਾਹ? ਕੋਈ ਸਲਾਹ ਕਿਹਨੇ ਕਰਨੀ ਸੀਗੀ ਜੀ, ਸਾਡੇ ਤਾਂ ਹਸਮਾਂ ਪੈਰਾਂ ਨੂੰ ਪਾਉਂਦੇ ਆ। ਵੱਡਿਆਂ ਤੋਂ ਚੀਜ਼ਾਂ ਛੋਟੀਆਂ ਬਣਾਉਂਦੇ, ਅਸੀਂ 25 ਬਿਸਤਰਿਆਂ ਦਾ ਹਸਪਤਾਲ ਦੀ ਬਿੱਡ ਕਰਦੇ ਆ, ਉਹਨਾਂ ਨੇ ਉਹ ਵੀ ਚੱਕਣ ਦੀ ਕੋਸ਼ਿਸ਼ ਕਰਦੇ। ਜਿਹੜੀ ਸਰਕਾਰ ਕਹਿੰਦੀ ਸੀ ਤੁਹਾਡੇ ਧੀਆਂ ਪੁੱਤਾਂ ਆਮ ਲੋਕਾਂ ਨਾਲ ਚੱਲਾਂਗੇ, 24 ਘੰਟੇ ਤੁਹਾਡੇ ਨਾਲ ਰਹਾਂਗੇ, ਨਾਲ ਸਾਡੇ ਕਿਹਨੇ ਰਹਿਣਾਗਾ? ਸਰਕਾਰ ਤਾਂ ਕੋਈ ਵੀ ਨਹੀਂ, ਇਹ ਤਾਂ ਮੌਕੇ ਤੇ ਛੱਡ ਕੱਢੀ ਸਾਧ ਵੇਚ ਤੇਰੇ ਮਗਰ ਤੂੰ ਕੌਣ ਮੈਂ ਕੌਣ। ਵੋਟਾਂ ਦਾ ਮਸਲਾ ਸੀਗਾ, ਉਹ ਐਂ ਕਹਿ ਕੇ ਲੈ ਲਈਆਂ। ਕੋਈ ਉਹਨਾਂ ਨੂੰ ਕੋਈ ਚੰਗਾ ਆਇਆ ਨਹੀਂ ਪ੍ਰੋਜੈਕਟ ਕਿਸੇ ਹਿਸਾਬ ਦਾ ਵੀ ਆਹ ਚੰਗਾ ਆਇਆ ਹੋਵੇ। ਉਹ ਕਹਿੰਦੇ ਸੀਗੇ ਅਸੀਂ 5 ਸਾਲਾਂ ਬਾਅਦ ਵੋਟ ਨਹੀਂ ਮੰਗਣ ਆਵਾਂਗੇ ਜੇਕਰ ਸਾਡਾ ਕੋਈ ਗਲਤ ਕੰਮ ਹੋਇਆ। ਹੁਣ ਆਉਣਗੇ ਵੋਟਾਂ ਮੰਗਣ, ਫਿਰ ਕੀ ਉਹਨਾਂ ਨੂੰ ਪੁੱਛੋਗੇ ਕੋਈ ਗੱਲ? ਤਾਂ ਪਿੰਡ 'ਚ ਵੀ ਨਹੀਂ ਵੜਨ ਦਿੰਦੇ ਜੀ, ਉਹੋ ਜਿਹੇ ਬੰਦੇ ਨੂੰ ਵੀ ਸਾਡੇ ਪਿੰਡ 'ਚ ਖੁਸ਼ੀ ਆਵੇ। ਸਾਰਾ ਪਿੰਡ ਹੀ ਬਾਈਕਾਟ ਕਰੂਗਾ, ਵਾਢਿਆਂ ਲਾ ਉਹਨਾਂ ਦਾ। ਸਾਡਾ ਸਰਪੰਚ ਚੁਣਿਆ ਵਾ, ਸਾਰੇ ਪਿੰਡ ਦਾ ਚੁਣਿਆ ਵਾ। ਇਹ ਥੋੜ੍ਹਾ ਵੀ ਉਹਨੂੰ ਜਦੋਂ ਉਹਦੀ ਹੱਦ ਕਰ ਗਿਆ ਬਾਕੀ ਕੀ ਰਹਿ ਗਿਆ ਪਿੱਛੇ ਸਾਡੇ ਕੋਲੇ। ਅਸੀਂ ਨਹੀਂ ਇਹ ਚੀਜ਼ ਨੂੰ ਚੰਗਾ ਚਾਹੁੰਦੇ। ਅਸੀਂ ਗਾਹਾਂ ਨੂੰ ਇਹੋ ਜਿਹੇ ਬੰਦੇ ਨੂੰ ਮੱਥੇ ਵੀ ਨਹੀਂ ਲਾ ਕੇ ਰਾਜੀ। ਵੋਟ ਤਾਂ ਪਾਉਣੀ ਕੀ ਆ, ਪਿੰਡ ਹੀ ਨਹੀਂ ਪਾਉਂਦਾ ਸਾਡਾ ਸਾਰਾ। ਜੀ ਬਿਲਕੁਲ। ਬਾਬਾ ਜੀ ਤੁਸੀਂ ਪਤਾ ਹੋਊ ਤੁਹਾਨੂੰ ਘਟਨਾ ਬਾਰੇ? ਊਂ ਤਾਂ ਪਤਾ ਹੀ ਲੱਗ ਗਿਆ ਹੋਣਾ ਘਟਨਾ ਬਾਰੇ। ਫਿਰ ਕੀ ਜਿਵੇਂ ਬਾਬੇ ਨੇ ਕਿਹਾ ਸੀ ਤਾਂ ਪਿੰਡ ਦੇ ਵਿੱਚ ਨਹੀਂ ਵੜਨ ਦਿੰਦੇ, ਤੁਸੀਂ ਫਿਰ? ਇਹ ਸਾਰਾ ਪਾਸੇ ਇੱਕੋ ਹੀ ਕਾਨੂੰਨ ਹੁਣ ਲਾਗੂ ਹੁੰਦਾ ਜੀ। ਹਾਂਜੀ, ਕੋਈ ਵੀ ਨਹੀਂ ਬੰਦਾ ਚਾਹੁੰਦਾ ਹੁੰਦਾ ਮਾੜੇ ਬੰਦੇ ਨੂੰ, ਕੋਈ ਵੀ ਨਹੀਂ ਚਾਹੁੰਦਾ ਹੁੰਦਾ। ਹਮੇਸ਼ਾ ਚੰਗੇ ਬੰਦੇ ਦੀ ਜਿੱਤ ਹੁੰਦੀ ਹੈਗੀ, ਉਸ ਨੂੰ ਚਾਹੁੰਦਾ ਅਗਲਾ। ਬਿਲਕੁਲ। ਹਾਂਜੀ, ਅਫਸੋਸ ਹੁੰਦਾ ਕਿ ਇੱਥੇ ਸਤਨਾਮ ਰਾਹੀ ਖੜੇ ਹੋਏ ਸੀ, ਚਰਨਜੀਤ ਚੰਨੀ ਖੜੇ ਹੋਏ ਸੀ, ਵੀ ਉਹਨਾਂ ਨੂੰ ਵੋਟ ਪਾ ਦਿੰਦੇ ਤੂੰ ਤਾਂ। ਇਹ ਤਾਂ ਮਗਰ ਤਾਂ ਪਛਤਾਉਂਦਾ ਹੀ ਆ ਜੀ ਅਗਲਾ। ਪਹਿਲਾਂ ਉਦੋਂ ਦੇਖਦਾ ਵੀ ਬਲਦਾ ਲਿਆਉਣਾ ਵੀ ਗਾਉਂ ਨਹੀਂ ਕਿੰਨੇ ਕੁ ਚੰਗੇ ਹੋਣਗੇ, ਪਰ ਐਂ ਨਹੀਂ ਪਤਾ ਸੀ ਵੀ ਉਦੋਂ ਵੀ ਛੰਦ ਨਿਕਲਿਆ। ਇਹ ਤਾਂ ਹੁਣ ਦਿੰਦਾ ਹੀ ਆ ਸਾਨੂੰ ਵੀ ਉਦੋਂ ਵੀ ਚੰਦ ਟੱਕਰੇ ਆ। ਉਹਨਾਂ ਨੂੰ ਕੋਈ ਜਾਣੇ ਚੰਗਾ ਨਹੀਂ ਕੰਮ ਹੋਇਆ ਇਹਨਾਂ ਤੋਂ ਅਜੇ ਤੱਕ। ਗਾਹਾਂ ਦੇਖੋ ਕੀ ਕਰਦੇ ਆ ਕੀ ਨਹੀਂ ਕਰਦੇ। ਆ ਗਿਆ ਬਦਲਾਅ ਫਿਰ? ਕੱਲ ਕਹਿੰਦੇ ਤੁਹਾਡੇ ਪਿੰਡ ਦੇ ਵਿੱਚ ਕਾਫੀ ਬਦਲਾਅ ਆ ਗਿਆ। ਤਾਂ ਪੂਰੇ ਦਰਜੇ ਦਾ ਹੀ ਆ ਗਿਆ ਜੀ, ਇਹ 'ਚ ਕੋਈ ਸ਼ੱਕ ਨਹੀਂ ਰਹੀ। ਉਹਨੂੰ ਪੁਲਿਸ ਲੈ ਕੇ ਨਿਕਲ ਗਈ, ਨਾਲ ਦੀ ਨਾਲ ਗੱਡੀਆਂ ਹੋਰ ਮੰਗਾ ਲਈਆਂ। ਨਹੀਂ ਤਾਂ ਉਹਨੂੰ ਸੋਧ ਦੇਵੇਂ ਕਹਿੰਦੀ ਅਸੀਂ ਸਮਾਨ ਪਾਉਂਦੇ ਜਿੰਨੇ ਜੋਗਰੇ ਸੀਗੇ, ਅਸੀਂ ਬਖਸ਼ਦੇ ਨਹੀਂ ਸੀਗੇ। ਇੱਕ ਬੰਦਾ ਕੱਲ ਤਾਂ ਸਾਨੂੰ ਹੱਥ ਬੰਨ੍ਹ ਕੇ ਵੋਟਾਂ ਮੰਗਦਾ ਮੇਰੀ ਮਦਦ ਕਰੋ, ਅਗਲੇ ਦਿਨ ਸਾਨੂੰ ਆ ਕੇ ਲਫੇੜੇ ਦਿਖਾਉਂਦਾ, ਕਹਿੰਦਾ ਤੁਹਾਨੂੰ ਜੇਲ੍ਹ 'ਚ ਸਿੱਟਿਆ ਹੋਵੇ, ਫਲਾਨਾ ਕਰਿਆ ਹੋਵੇ। ਉਹਨੂੰ ਅਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ? ਨਹੀਂ ਕਰਦੇ। ਬਿਲਕੁਲ। ਤਾਂ ਅਸੀਂ ਅੱਗੇ ਚੱਲਦੇ ਹਾਂ। ਇੱਧਰ ਕਾਫੀ ਸਾਡੇ ਨਾਲ ਜੁੜੇ ਹੋਏ ਨੇ ਬਜ਼ੁਰਗੋ। ਕਿੰਨੀ ਕੁ ਉਮਰ ਹੋ ਗਈ ਤੁਹਾਡੀ? ਅੱਜ ਇੱਥੇ ਬੈਠੇ ਹੋਗੇ, ਪਤਾ ਮਸਲੇ ਦਾ ਪੂਰੇ ਦਾ? ਨਹੀਂ ਜੀ, ਆਪਾਂ ਨੂੰ ਨਹੀਂ ਕੋਈ ਪਤਾ ਹੈ। ਅੱਜ ਇੱਥੇ ਸੱਦਿਆ ਗਾ ਤੁਹਾਨੂੰ, ਕਹਿੰਦੇ ਕਿ ਕੱਲ ਸਰਪੰਚ ਨੂੰ ਕਾਫੀ ਕੁਝ ਬੋਲ ਗਿਆ। ਸਰਪੰਚ ਨੂੰ ਬਹੁਤ ਕੁਝ ਬੋਲ ਗਿਆ ਜੀ, ਇਕੱਲੇ ਸਰਪੰਚ ਨੂੰ, ਸਾਰੇ ਪਿੰਡ ਨੂੰ ਬੋਲ ਗਿਆ। ਸਾਨੂੰ ਬਹੁਤ ਮਾੜਾ ਬੰਦਾ ਇਹ, ਵੀ ਅਸੀਂ ਇਹਨੂੰ ਗਾਹਾਂ ਵਾਸਤੇ ਪਿੰਡ 'ਚ ਵੜਨ ਨਹੀਂ ਦਿੰਦੇ। ਬਸ ਆਪਣੀ ਉਮਰ ਦੇ ਵਿੱਚ ਕਦੇ ਦੇਖਿਆ ਸੀ ਇਹੋ ਜਿਹਾ ਕੁਝ ਐਮਐਲਏ ਵੱਲੋਂ ਸਰਪੰਚ ਨੂੰ ਬੋਲਿਆ ਗਿਆ? ਅਸੀਂ ਇਹੋ ਜਿਹਾ ਬੰਦਾ ਅੱਜ ਤੱਕ ਦੇਖਿਆ ਹੀ ਨਹੀਂ ਸੀ। ਇਹ ਕਹਿੰਦਾ ਸੀ ਵੀ ਬਦਲਾਓ ਕਰੂੰਗਾ। ਹੁਣ ਥਾਂ ਥਾਂ ਤਾਂ ਚੋਰੀਆਂ ਹੋਈ ਜਾਂਦੀਆਂ, ਥਾਂ ਥਾਂ ਕੋਈ ਜਿੱਥੇ ਮਰਜ਼ੀ ਲੁੱਟ ਖੋਹ ਹੋਈ ਜਾਂਦੀ ਆ। ਆ ਸਾਡੇ ਭੜਾਂ ਵਾਲੇ ਰਾਹ ਦੇ ਵਿੱਚ ਕੋਈ ਨਹੀਂ ਲੰਘਣ ਦਿੰਦਾ ਹੈ। ਇਹਦੇ ਰਾਜ ਦੇ ਵਿੱਚ ਬਦਲਾਓ ਹੋਇਆ ਵਾ। ਕੁਲਚਿਆਂ ਵਾਲੇ ਤੋਂ ਵੀ ਪੈਸੇ ਖੋਹੀ ਜਾਂਦੇ ਆ। ਕੁਲਚਿਆਂ ਵਾਲੇ ਤੋਂ ਵੀ? ਹਾਂ, ਜਿਹੜਾ ਕੁਲਚਿਆਂ ਵਾਲਾ ਬੰਦਾ ਨਾ, ਉਸ ਤੋਂ ਵੀ ਪੈਸੇ ਖੋਲੇ ਇਹਦੇ ਰਾਜ ਦੇ ਵਿੱਚ। ਜਿਹੜਾ ਕਹਿੰਦਾ ਸੀ ਵੀ ਬਦਲਾਓ ਹੋਊਗਾ, ਵੀ ਬਦਲਾਓ ਹੋਈ ਜਾਂਦਾ। ਹੁਣ ਇੱਥੋਂ ਘਰ ਤੱਕ ਜਾਣ ਦਾ ਕੋਈ ਪਤਾ ਨਹੀਂ ਵੀ ਜਾਣ ਦੇਊਗਾ ਕੋਈ ਕਿ ਨਾ ਜਾਣ ਦੇਊਗਾ। ਇੰਨਾ ਇਹ ਰਾਜ ਪੁੱਠਾ ਆਇਆ ਜਿੰਨਾ ਵੀ ਕਹਦੇ। ਅਸੀਂ ਇਹਨੂੰ ਗਾਹਾਂ ਵਾਸਤੇ ਪਿੰਡ 'ਚ ਨਹੀਂ ਵੜਨ ਦੇ। ਵੋਟ ਤਾਂ ਅਸੀਂ ਇਹਨੂੰ ਐਤਕੀ ਵੀ ਨਹੀਂ ਸੀ ਪਾਈ, ਅਸੀਂ ਤਾਂ ਹੋਰਾਂ ਲੋਕਾਂ ਨੇ ਪਾਈਆਂ ਜਾਣੀ ਦੀ। ਅਸੀਂ ਤਾਂ ਇਹਨੂੰ ਜ਼ਿੰਦਗੀ ਭਰ ਹੀ ਨਹੀਂ ਪਾਉਂਦੇ। ਇੰਨਾ ਰਾਜ ਇਹ ਪੁੱਠਾ ਸੀ। ਚੰਨੀ ਹੋਰੇ ਖੜੇ ਹੋਏ ਸੀ ਇੱਥੋਂ। ਚੰਨੀ ਹੋਰੇ ਹੋਏ ਸੀਗੇ, ਇਦੋਂ ਤਾਂ ਅਸੀਂ ਜੇ ਚੰਨੀ ਹੋਰਾਂ ਨੂੰ ਪਾਉਂਦੇ ਉਹ ਇਦੋਂ 100 ਗੁਣੇ ਚੰਗੇ ਸੀ। ਇਹਨਾਂ ਜਿੰਨਾ ਤਾਂ ਬੰਦਾ ਮਾੜਾ ਤਾਂ ਅਜੇ ਤੱਕ ਜੰਮਿਆ ਹੀ ਨਹੀਂ, ਹੋਰ ਤਾਂ ਕੀ ਹੈਗਾ। ਇਦੋਂ ਗਾਹਾਂ ਤਾਂ ਕੋਈ ਜੰਮੂਗਾ ਕੀ? ਅਸੀਂ ਤਾਂ ਬਾਹਲੇ ਵਿਰੁੱਧ ਹੋਏ ਬੈਠੇ ਹਾਂ। ਕੇਵਲਾਂ ਸਾਡੀਆਂ ਨਹੀਂ ਰਹਿੰਦੀਆਂ, ਹੋਰ ਕੁਛ ਸਾਡਾ ਨਹੀਂ ਰਹਿੰਦਾ ਹੈ। ਖੇਤਾਂ 'ਚੋਂ ਕੁੱਲ ਬੰਦੇ ਦੇ ਸਿੰਡੀਕੇਟ ਚੁਕਵਾਤੇ ਇਹਦੇ ਰਾਜ ਦੇ ਵਿੱਚ। ਕੁੱਲ ਬੰਦੇ ਨੇ ਲਿਆ ਕੇ ਘਰੀ ਆਪਦੇ ਭੋਰਾ ਘਰ ਹੈ, ਉਹਨਾਂ ਦੇ ਵਿੱਚ ਲਿਆ ਕੇ ਸਿੰਡੀਕੇਟ ਲਾਈ ਬੈਠੇ ਆ। ਐਂ ਨਹੀਂ ਪਤਾ ਵੀ ਜਾਂਦਿਆਂ ਨੂੰ ਖੇਤ ਭਾਵੇਂ ਨੇ ਟੋਕੇ ਵੀ ਨਹੀਂ ਹੋਣੇ, ਜਾਂ ਪਟਾ ਵੀ ਨਹੀਂ ਹੋਣਾ, ਜਾਂ ਕੁਛ ਵੀ ਨਹੀਂ ਹੋਣਾ। ਕੋਈ ਰਾਜਾ ਬਾਬੂ ਨੂੰ ਜੇ ਕਿਤੇ ਜਾਹਾ ਉੱਥੇ ਥਾਣੇ 'ਚ ਉਹ ਕਹਿੰਦੇ ਨਾ ਤਰੋ, ਨਾ ਕਿਹਦਾ ਤਰ ਗਏ, ਅਸੀਂ ਤਾਂ ਉਦੋਂ ਪਏ ਹੁੰਦੇ। ਬਸ ਇੰਨਾ ਕੀ ਕੁਛ ਕਹਿਣ ਜਾਣਦੇ ਜੀ ਅਸੀਂ ਤਾਂ। ਪੈਸੇ ਪੂਸੇ ਤਾਂ ਨਹੀਂ ਜੇਬ 'ਚ ਰੱਖਦੇ ਤੁਸੀਂ? ਕਿਤੇ ਭੱਜਿਆ ਵੀ ਨਹੀਂ? ਅਸੀਂ ਡੱਕਾ ਨਹੀਂ ਰੱਖਦੇ, ਨਾ ਸਾਥੋਂ ਭੱਜਿਆ ਜਾਂਦਾ, ਸਾਥੋਂ ਕਰਮ ਨਹੀਂ ਤੁਰਨ ਦਿੰਦੇ ਉਹਦੀ ਖੋਲਣਗੇ।
ਸਾਨੂੰ ਤਾਂ ਕਰਮ ਨਹੀਂ ਤੁਰਨ ਦਿੰਦੇ, ਉਹਦੀ ਖੋਲਣਗੇ। ਆ ਸੋਟੀ ਰੱਖੀ ਆ, ਸੋਟੀ ਸਹਾਰਾ ਨਹੀਂ ਬਣਦੀ ਫਿਰ ਉਹ ਸੋਟੀ ਕੁਛ ਨਹੀਂ, ਉਹਦੇ ਉਹਨਾਂ ਕੋਲੇ ਦਾਅ ਹੁੰਦੇ ਆ। ਇਹ ਸੋਟੀ ਤਾਂ ਸਾਨੂੰ ਪਰ ਹੀ ਸਿੱਟਣੀ ਪੈਂਦੀ ਆ। ਇਹ ਤਾਂ ਇਕੱਲਾ ਮਾੜੇ ਜਿਹੇ ਤੁਰਨ ਦੀ ਖਾਤਰ ਹੀ ਆ ਬਸ। ਪੈਸਾ ਪੂਸਾ ਨਹੀਂ ਕਿਸੇ ਕੋਲੇ ਛੱਡਦੇ। ਪੈਸੇ ਵਾਲੀ ਤਾਂ ਸਰਕਾਰ ਹੀ ਖਤਮ ਹੈ। ਪੈਸਿਆਂ ਨੂੰ ਤਾਂ ਫਿਰਦੇ ਆ। ਬਸ ਇੰਨਾ ਕੁਝ ਕਹਿਣੀ ਚਾਹੁੰਦੇ ਸੀ ਇਸ ਦਾ ਜੀ। ਤਾਂ ਅਸੀਂ ਅੱਗੇ ਚੱਲਦੇ ਹਾਂ ਇੱਧਰ। ਹਾਂਜੀ SHO ਸਾਹਿਬ ਨਾਲ ਸੀਗੇ ਕੱਲ? ਹਾਂ, ਮੂਹਰੇ ਖੜੇ ਰਿਹਾ। ਤਾਂ ਇੱਧਰ ਪ੍ਰਸ਼ਾਸਨ ਵੀ ਬੈਠਾ ਸੀ। ਫਿਰ ਇਹਨਾਂ ਲੋਕਾਂ ਕੋਲ ਆਉਣੇ ਆ, ਸਾਡੇ ਕੋਲ ਮੌਜੂਦ ਆ, ਅਸੀਂ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਾਂਗੇ। SHO ਸਾਹਿਬ ਤੁਸੀਂ ਕੱਲ ਨਾਲ ਸੀਗੇ ਜਿਹੜੀ ਘਟਨਾ ਵਾਪਰੀ ਆ ਇੱਥੇ ਹੋਇਆ ਜੋ ਕੁਝ ਹੋਇਆ, ਤੁਸੀਂ ਕੱਲ ਨਾਲ ਸੀਗੇ? ਹਾਂਜੀ, ਜਿਹੜਾ ਇੱਥੇ ਕੱਲ ਵਿਧਾਇਕ ਦੇ ਨਹੀਂ, ਆਪਾਂ ਵੀ ਗੱਲ ਬਹੁਤ ਬਾਹਲੀ ਜ਼ਰੂਰੀ ਆ ਗੱਲ ਜਿਹੜੀ ਆਪਾਂ ਕਰ ਰਹੇ ਹਾਂ, ਲੋਕਾਂ ਦੀ ਮਸਲਾ ਹੈਗਾ। 9763 ਅੱਛਾ, ਨੰਬਰ ਲਿਖਾ ਰਹੇ ਨੇ SHO ਸਾਹਿਬ। ਅਸੀਂ ਕੋਈ ਨਹੀਂ, ਇੱਥੇ ਖੜੇ ਆ, ਗੱਲਬਾਤ ਕਰਾਂਗੇ SHO ਸਾਹਿਬ ਦੇ ਨਾਲ। ਇੱਧਰ ਕਦੀ ਮਗਰਲੇ ਪਾਸੇ ਦਿਖਾ ਦੇ, ਮਾੜਾ ਜਿਹਾ ਕੈਮਰਾ ਦਿਖਾ ਦੇ। ਮਗਰਲੇ ਪਾਸੇ ਲੋਕ ਖੜੇ ਨੇ, ਲੋਕ ਨੇ ਦੱਸਿਆ ਗਾ ਕਿ SHO ਸਾਹਿਬ ਨਾਲ ਸੀਗੇ। ਤੁਸੀਂ ਵੀ ਨਾਲ ਹੋਵੋਗੇ, ਮੁਲਾਜ਼ਮ ਹੋ ਤੁਸੀਂ ਇੱਥੋਂ ਥਾਣੇ 'ਚ? ਕਿਵੇਂ ਤੁਸੀਂ ਕੱਲ ਜੋ ਇੱਥੇ ਵਾਪਰਿਆ ਉਹਦੇ ਦੇਖਿਆ ਹੋਣਾ ਤੁਸੀਂ ਸਾਰਾ ਕੁਝ, ਕੀ ਕੁਝ ਹੋਇਆ ਇੱਥੇ? ਉਹ ਤਾਂ ਰੁਕਾਵਟੇ ਆਉਂਦੇ ਸੀ, ਹੋਰ ਤਾਂ ਕੀ ਦੇਖਿਆ ਸਰ। ਕੌਣ ਰੁਕਾਵਟ ਪਾਉਂਦੇ ਸੀ? ਆਪਣੇ ਪਬਲਿਕ ਹੀ। ਪਬਲਿਕ ਇੱਥੇ ਇਕੱਠੀ ਹੋਈ ਆ। ਪਬਲਿਕ ਕਹਿੰਦੇ ਵੀ ਸਾਨੂੰ ਚਾਹੀਦੀ ਨਹੀਂ ਮੁਹੱਲਾ ਕਲੀਨਿਕ, ਸਾਡੇ ਤੇ ਧੱਕੇ ਨਾਲ ਥੋਪੇ ਜਾ ਰਹੇ ਨੇ। ਪਿੰਡ ਦਾ ਕੰਮ ਹੈ ਸਰ, ਇਹਨਾਂ ਵੀ ਚਾਹੀਦਾ ਜਾਂ ਨਹੀਂ ਚਾਹੀਦਾ ਸਰ। ਠੀਕ ਹੈ ਜੀ। SHO ਸਾਹਿਬ ਕਿਸੇ ਨਾਲ ਵੱਡੇ ਅਫਸਰ ਨਾਲ ਲੱਗੇ ਨੇ ਜਾਂ ਕੋਈ ਪਰਸਨਲ ਗੱਲ ਕਰ ਰਹੇ ਨੇ? ਮਾਨਸਾ ਡਿਪਟੀ ਸਾਹਿਬ ਦੇ ਨਾਲ ਗੱਲ ਚੱਲਦੀ ਹੈ ਜੀ। ਉਹਨਾਂ ਨੇ ਕਹਿੰਦੇ ਇੱਥੇ ਕੋਈ ਕੰਮ ਸੀ ਉਹਨਾਂ ਦਾ ਜ਼ਰੂਰੀ, ਉਹਨਾਂ ਨੇ ਡਿਊਟੀ ਮੇਰੀ ਲਾਈ ਸੀ ਯਾਰ, ਮੇਰਾ ਨੰਬਰ ਦਿੱਤਾ ਉਹਨਾਂ ਨੇ ਸਰ। ਬਈ ਤੁਸੀਂ ਵੀ ਨਾਲ ਸੀ ਕੱਲ? ਨਾਲ ਨਹੀਂ ਸੀਗੇ? ਥਾਣੇ 'ਚ ਸੀ ਤੁਸੀਂ? ਨਹੀਂ, ਮੈਂ ਤਾਂ ਜੀ ਬਾਹਰ ਆਊਟ ਸਟੇਸ਼ਨ ਹੀ। ਅੱਛਾ, ਆਊਟ ਸਟੇਸ਼ਨ ਸੀ। ਤਾਂ ਇੱਥੇ ਹੋਰ ਵੀ ਮੁਲਾਜ਼ਮ ਖੜੇ ਨੇ। ਬਾਈ ਤੁਸੀਂ ਤਾਂ ਨਹੀਂ ਨਾਲ? ਤੁਸੀਂ ਤਾਂ ਨਹੀਂ ਸੀ ਨਾਲ? ਸਭ ਦੱਸ ਸਕਦੇ ਸਾਡੇ। ਹਾਂਜੀ, ਨਾ ਸਾਡੇ ਤਾਂ ਡਿਊਟੀਆਂ ਲੱਗੀਆਂ ਹੋਈਆਂ ਬਾਹਰ। ਨਹੀਂ ਤੁਸੀਂ ਇੱਥੇ ਪਿੰਡ 'ਚ ਸੀ ਜਾਂ ਬਾਹਰ ਸੀ ਕਿਤੇ? ਬਸ ਬਾਹਰ ਸਾਡੇ ਡਿਊਟੀਆਂ ਲੱਗੀਆਂ, ਬਾਹਰ ਡਿਊਟੀਆਂ ਲੱਗੀਆਂ, ਨਹੀਂ ਤਾਂ ਕਰਕੇ ਜਾਣਾ ਪੈਂਦਾ। ਸਾਰੇ ਡਿਊਟੀਆਂ ਅਲੱਗ-ਅਲੱਗ। ਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ SHO ਸਾਹਿਬ ਦੇ ਨਾਲ ਅਸੀਂ ਗੱਲ ਕਰਨੀ ਚਾਹੀ, ਤਾਂ ਹੁਣ ਦੇਖਦੇ ਆਂਗੇ ਕਿ ਸਾਡੇ ਨਾਲ ਗੱਲ ਕਰਨਗੇ ਜਾਂ ਨਹੀਂ ਕਰਨਗੇ। ਤਾਂ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਮੁੱਦੇ ਦੀ ਤਹਿ ਤੱਕ ਜਾਇਆ ਜਾਵੇ, ਕਿਉਂਕਿ ਇੱਥੇ ਸਾਨੂੰ ਬਜ਼ੁਰਗਾਂ ਨੇ ਦੱਸਿਆ ਕਿ ਇੱਥੇ ਚੋਰੀਆਂ ਵੀ ਬਹੁਤ ਹੁੰਦੀਆਂ ਨੇ, ਸਾਡੀਆਂ ਕੇਬਲਾਂ ਲਾਈਆਂ ਜਾਂਦੀਆਂ ਨੇ, ਸਾਡੇ ਸਿੰਡੀਕੇਟ ਚੱਕੇ ਜਾਂਦੇ ਨੇ, ਸਾਡੇ ਜੇਬਾਂ ਦੇ ਵਿੱਚ ਅਸੀਂ ਪੈਸੇ ਰੱਖਣੋਂ ਹਟ ਗਏ ਹਾਂ ਕਿ ਸਦਰੇ ਤੋਂ ਭੱਜਾ ਨਹੀਂ ਜਾਣਾ। ਤਾਂ ਅਸੀਂ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ। SHO ਸਾਹਿਬ ਹਜੇ ਬਿਜੀ ਨੇ। ਕੁਲਦੀਪ ਉਹ ਤਸਵੀਰ ਦਿਖਾ ਦਿਓ, ਉੱਧਰ ਫੋਨ ਤੇ ਲੱਗੇ ਹੋਏ ਨੇ SHO ਸਾਹਿਬ, ਉਹ ਬਿਜੀ ਨੇ ਹਲੇ। ਤਾਂ ਅਸੀਂ ਇੱਧਰਲੇ ਪਾਸੇ ਗੱਲਬਾਤ ਕਰ ਲਈਏ ਲੋਕਾਂ ਦੇ ਨਾਲ। ਉਹਨਾਂ ਟਾਈਮ ਅੱਜ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਸਾਰਿਆਂ ਦੇ ਨਾਲ ਹੀ ਕਰਾਂਗੇ। ਗਰਾਊਂਡ ਜ਼ੀਰੋ 'ਤੇ ਰਿਪੋਰਟਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਗਰਾਊਂਡ ਜ਼ੀਰੋ ਤੋਂ ਅਸੀਂ ਮੁਲਾਕਾਤ ਆ ਜਿਹੜੀ ਲੋਕਾਂ ਦੇ ਨਾਲ ਕਰ ਰਹੇ ਹਾਂ ਕਿ ਕੀ ਵਾਪਰਿਆ। ਬਾਬਾ ਕੱਲ੍ਹ ਕੀ ਵਾਪਰਿਆ ਇੱਥੇ ਪਿੰਡ ਦੇ ਵਿੱਚ ਪਤਾ? ਕੱਲ੍ਹ ਜੀ ਸਹਿਣਾ ਪਿੰਡ ਦੇ ਅੰਦਰ ਜਿਹੜੀ ਇਹ ਮੁਹੱਲਾ ਕਲੀਨਿਕ ਦਾ ਜੋ ਉਦਘਾਟਨ ਹੋਇਆ, ਅਸੀਂ ਇੱਥੇ ਬਾਜ਼ਾਰ 'ਚ ਇਹ ਵੀਡੀਓ ਵਗੈਰਾ ਜੋ ਪੰਚਾਇਤ ਨੇ ਧਰਨਾ ਲਾਇਆ ਸੀਗਾ, ਉਸ ਤੋਂ ਬਾਅਦ ਗਏ ਅਸੀਂ ਉੱਥੇ। ਪ੍ਰਸ਼ਾਸਨ ਵੀ ਦਾ ਬੰਦੋਬਸਤ ਬਹੁਤ ਸੀਗਾ ਤੇ ਉਦੋਂ ਬਾਅਦ ਅੰਦਰ ਵੀ ਜਾ ਕੇ ਆਏ। ਅਸੀਂ ਆਖਿਆ ਵੀ ਠੀਕ ਆ, ਦੇਖੋ ਕਿਹੜੀਆਂ ਇਹਨਾਂ ਨੇ ਮਸ਼ੀਨਾਂ ਲਾਈਆਂ। ਤੇ ਇਹ MLA ਸਾਹਿਬ ਨਾਲ ਜੋ ਵੀਡੀਓ ਆਈ, ਉਹ ਵੀਡੀਓ ਤੇ ਅਸੀਂ ਦੇਖਿਆ, ਮੌਕੇ ਤੇ ਅਸੀਂ ਨਹੀਂ ਸੀਗੇ, ਪਰ ਅੰਦਰ ਕੋਈ ਸਾਨੂੰ ਮਸ਼ੀਨ ਦਿਖਾਈ ਗਈ ਨਹੀਂ। ਜੋ ਜੇ ਮੰਤਰੀ ਸਾਹਿਬ ਪਬਲਿਕ ਨੇ ਬਣਾਇਆ, ਜੋ ਉਹਨਾਂ ਨੇ ਕਿਹਾ ਵੀ ਅਸੀਂ ਥੱਪੜ ਮਾਰਾਂਗੇ, ਅਸੀਂ ਇਹਦਾ ਵਿਰੋਧ ਕਰਦੇ ਹਾਂ ਪਿੰਡ ਵੱਲੋਂ। ਜੋ ਕਿ ਇਹ ਮਾਨਵ ਅਧਿਕਾਰਾਂ ਦਾ ਹੰਨਣਾ, ਧਰਨਾ ਲਾਉਣਾ, ਹਰੇਕ ਮਨੁੱਖ ਦਾ ਆਵਾਜ਼ ਉਠਾਉਣ ਦਾ ਉਹਦਾ ਹੱਕ ਆ, ਉਹਨੂੰ ਦਬਾਇਆ ਨਾ ਜਾਵੇ। ਜੋ ਕਿ ਪਬਲਿਕ ਦੇ ਅੰਦਰ ਹਰੇਕ ਬੰਦਾ ਆਪ ਬੋਲ ਸਕੇ। ਬਾਕੀ ਪਿੰਡ ਦਾ ਇਹ ਆ ਵੀ ਵੱਡਾ ਪਿੰਡ ਆ ਸਾਡਾ, ਆਬਾਦੀ ਵਾਲਾ ਹੈ। ਜੋ ਇਹਨਾਂ ਦੀ ਮੰਗ ਸੀ ਵੀ ਇਹਨੂੰ ਵੱਡਾ ਕੀਤਾ ਜਾਵੇ, ਨਾ ਕਿ ਛੋਟਾ ਕੀਤਾ ਜਾਵੇ। ਤਾਂ ਅਸੀਂ ਅੱਗੇ ਚੱਲਦੇ ਹਾਂ। ਆਹ ਨੌਜਵਾਨ ਬੈਠੇ ਨੇ। ਬਈ ਸਰਪੰਚ ਦੀ ਸਪੋਰਟ 'ਚ ਆਏ ਹੋ? ਹਾਂਜੀ ਬਿਲਕੁਲ ਬਾਈ। ਤੇ ਕੱਲ ਜੋ ਵੀ ਵਾਪਰਿਆ ਤੁਹਾਨੂੰ ਪਤਾ ਹੀ ਹੈ, ਸਾਰੇ ਵਾਇਰਲ ਹੋ ਚੁੱਕਿਆ ਹੈਗਾ। ਤੇ ਆਪਾਂ ਦੇਖ ਸਕਦੇ ਹਾਂ ਵੀ ਸਰਪੰਚ ਸਾਹਿਬ ਕਿੰਨੀ ਰਿਸਪੈਕਟ ਨਾਲ ਗੱਲ ਕਰ ਰਹੇ ਨੇ ਤੇ ਉਹਦਾ ਮੋੜਵਾਂ ਜਵਾਬ ਕੀ ਮਿਲ ਰਿਹਾ ਤੁਹਾਨੂੰ ਪਤਾ ਹੀ ਆ ਵੀ 4 ਲਫੇੜੇ ਮਾਰ ਕੇ ਅੰਦਰ ਸੁੱਟ ਦਿੱਤਾ ਜਾਊਗਾ। ਇਹ ਬਹੁਤ ਸਰਾਸਰ ਗਲਤ ਆ। ਉੱਦਾਂ ਹੀ ਪਤਾ ਵੀ ਇੱਦਾਂ ਬੋਲਣਾ ਬਹੁਤ ਗਲਤ ਆ। ਤੇ ਜੇ ਮੂਹਰੋਂ ਕੋਈ ਰਿਸਪੈਕਟ ਨਾਲ ਗੱਲ ਕਰਦਾ ਉਹਦੇ ਨਾਲ ਰਿਸਪੈਕਟ ਨਾਲ ਗੱਲ ਕਰੋ। ਚਾਹੁੰਦੇ ਹੋ ਇੱਥੇ ਮੁਹੱਲਾ ਕਲੀਨਿਕ ਬਣੇ? ਨਹੀਂ ਵੀਰੇ, ਦੇਖੋ ਸਾਡੇ ਪਿੰਡ ਦੀ ਆਬਾਦੀ ਬਹੁਤ ਜ਼ਿਆਦਾ ਹੈਗੀ, ਯਾਨੀ ਕਿ 10-12 ਹਜ਼ਾਰ ਤਾਂ ਵੋਟ ਹੀ ਆ। ਤੇ ਹਾਂ ਬਣ ਜੇ, ਬਟ ਉਹ ਹਸਪਤਾਲ ਨੂੰ ਨਾ ਮਤਲਬ ਡੀਗ੍ਰੇਡ ਕੀਤਾ ਜਾਵੇ, ਉਹ ਉੱਦਾਂ ਹੀ ਚੱਲਣ ਦਿੱਤਾ ਜਾਵੇ, ਸਾਈਡ ਤੇ ਬਣ ਜੇ। ਕਿੱਥੇ ਤਾਂ ਅਪਗ੍ਰੇਡ ਕਰਨ ਦੀ ਬਜਾਏ ਉਹਨੂੰ ਛੋਟਾ ਕਰ ਰਹੇ ਆ। ਤੇ ਜਿਹੜੇ ਹੁਣ ਗਰੀਬ ਮਜ਼ਦੂਰ ਲੋਕ ਆ ਉਹ ਕਿੱਥੇ ਜਾਣਗੇ ਬਾਈ ਯਾਰ?
ਬਿਲਕੁਲ ਹਾਂਜੀ ਹਾਂ। ਤਾਂ ਅੱਗੇ ਚੱਲਦੇ ਆਂ। ਬਜ਼ੁਰਗੋ ਕਿੰਨੀ ਕੁ ਉਮਰ ਹੋ ਗਈ? ਦੇਖਿਆ ਪਹਿਲਾਂ ਇਹੋ ਜਿਹਾ ਐਮਐਲਏ ਜਿਹੜਾ ਕਹਿੰਦਾ ਸਰਪੰਚ ਨੂੰ ਵੀ ਮੈਂ ਥੱਪੜ ਮਾਰ ਦੂੰ? ਮੈਂ ਨਹੀਂ ਦੇਖਿਆ ਨਹੀਂ ਸੀਗਾ, ਜੇ ਮੈਂ ਕੋਲੇ ਹੁੰਦਾ ਫਿਰ ਦੱਸ ਦਿੰਦਾ। ਨਹੀਂ ਪਹਿਲਾਂ ਤੁਸੀਂ ਆਪਦੀ ਉਮਰ 'ਚ ਦੇਖਿਆ ਹੋਵੇ ਇਹ ਤਾਂ ਹੀ ਕੋਈ ਐਮਐਲਏ ਨਹੀਂ ਦੇਖਿਆ ਇਹ ਜਾ, ਪਰ ਮੈਂ ਕੋਲੇ ਨਹੀਂ ਸੀ ਵੀ ਕੀ ਗੱਲ ਹੋਈ ਹੈ, ਇਹ ਗੱਲ ਦਾ ਨਹੀਂ ਪਤਾ ਮੈਨੂੰ। ਤੁਸੀਂ ਦੇਖਿਆ ਬਜ਼ੁਰਗੋ ਕਿੰਨੀ ਉਮਰ ਹੋ ਗਈ ਇਹੋ ਜਿਹਾ ਐਮਐਲਏ ਪਹਿਲਾਂ ਉਹਦੀ ਉਮਰ 'ਚ ਦੇਖਿਆ ਹੋਵੇ ਜਿਹੜਾ ਕਹਿੰਦਾ ਹੋਵੇ ਵੀ ਮੈਂ ਸਰਪੰਚ ਲਈ ਥੱਪੜ ਮਾਰੂ? ਮੈਂ ਤਾਂ ਕੱਲ ਖੇਤ ਸੀਗਾ। ਨਹੀਂ ਤੁਸੀਂ ਆਪਦੀ ਉਮਰ 'ਚ ਪਹਿਲਾਂ ਦੇਖਿਆ ਹੋਵੇ, ਕੋਈ ਬਾਦਲਾਂ ਵੇਲੇ ਦੇਖਿਆ ਹੋਵੇ ਜਾਂ ਕੈਪਟਨਾਂ ਵੇਲੇ ਦੇਖਿਆ ਹੋਵੇ? ਉਮਰ ਹਾਂ 73 ਸਾਲ ਹੈ। ਇਹੋ ਜਿਹਾ ਮੈਂਬਰ ਵੀ ਨਹੀਂ ਦੇਖਿਆ ਕੋਈ। ਹਾਂਜੀ ਮੈਂਬਰ ਵੀ ਨਹੀਂ ਦੇਖਿਆ, ਐਮਐਲਏ ਤਾਂ ਕੀ ਦੇਖਣਾ ਸੀ। ਜਿਵੇਂ ਉਹ ਬੋਲਿਆ ਇੰਨੀਆਂ ਬੁੜੀਆਂ ਤੇ ਇਹੋ ਜਿਹਾ ਬੋਲਿਆ ਇਹਨੂੰ ਸਰਪੰਚ ਨੂੰ, ਹਲਕ ਨਹੀਂ ਸਾਡੇ ਪਿੰਡ ਦੀ ਹਲਕਾ ਪਿੰਡ ਨੂੰ ਹੀ ਬੋਲ ਗਿਆ ਉਹ। ਮੈਂਬਰ ਕਹਿੰਦਾ ਸਾਡੀਆਂ ਵੋਟਾਂ ਪਾਇਆ ਆ ਦਿੱਤਾ ਉਹਨੇ ਫਲ। ਕਹਿੰਦੇ ਸਰਪੰਚ ਦਾ ਪਿੰਡ ਦੀ ਪੱਗ ਹੁੰਦੇ ਨੇ। ਹਾਂ ਫਿਰ ਸਾਡੀ ਤਾਂ ਪੱਗ ਉਹ ਸਿੱਟ ਗਿਆ ਪੈਰਾਂ 'ਚ ਉਹਦੇ, ਸਾਡਾ ਕੀ ਰਹਿ ਗਿਆ ਹੁਣ ਇੱਥੇ? ਕਿੱਥੇ ਭਗਵੰਤ ਮਾਨ ਕਹਿੰਦਾ ਸੀ ਮੈਂ ਬਣਾ ਦੂੰ ਐਂ ਬਣਾ ਦੂੰ, ਸਾਡਾ ਕੀ ਸੁਣ ਲੈਣ? ਆਮ ਆਦਮੀ ਦੀ ਕਹਿੰਦਾ ਸੀ ਕੀ ਸਾਡਾ ਕਰ ਗਏ ਇਹ? ਕਿੱਥੇ ਜਾਵਾਂਗੇ ਅਸੀਂ ਦਵਾਈ ਬੂਟੀ ਲੈਣ? ਹਿਸਾਬ ਲਾਓ ਤੁਸੀਂ, ਅਸੀਂ ਕਿੱਥੇ ਜਾਵਾਂਗੇ? ਐਡਾ ਪਿੰਡ ਆ ਸਾਡਾ, ਕਿੱਥੇ ਲਾਵਾਂ ਪਿੰਡਾਂ ਦੇ ਵੀ ਇੱਥੇ ਆਉਂਦੇ 12-13 ਪਿੰਡਾਂ ਦੇ। ਕਿਤੇ ਬੁਰਜ ਬਣਾਉਂਦੇ ਜਾਂ ਢਿਲਵੀਂ ਬਣਾਉਂਦੇ, ਮੌੜੀ ਬਣਾਉਂਦੇ, ਇੱਥੇ ਲੀਲੋ ਕੋਠੀ ਬਣਾਉਂਦੇ, ਉਹ ਕੋਠੇ ਸੀ ਉੱਥੇ ਬਣਾਉਂਦੇ। ਹਾਂ ਉਹ ਬਣੀ ਬਣਾਈ ਆਹ ਜਗ੍ਹਾ ਕਿਹੋ ਜਿਹੀ ਇੱਥੇ ਬਣਾਉਂਦੇ, ਜੋ ਸਰਪੰਚ ਕਹਿੰਦਾ ਵੀ ਤੈਨੂੰ ਅਸੀਂ ਥਾਂ ਦਿੰਦੇ, ਜਗ੍ਹਾ ਦਿੰਦੇ ਹਾਂ, ਚਾਹ ਪਾਣੀ ਵੀ ਦਿਆ ਕਰਾਂਗੇ, ਸਾਰਾ ਕੁਝ ਦੇਵਾਂਗੇ, ਵੀ ਇੱਥੇ ਬਣਾਓ ਜਿੱਥੇ ਮਰਜ਼ੀ। ਧੱਕੇ ਨਾਲ ਬਣਾ ਕੇ ਗਏ ਆ। ਧੱਕੇ ਨਾਲ ਬਣਾ ਕੇ? ਧੱਕੇ ਨਾਲ ਹੀ ਬਣਾਇਆ ਜੀ, ਹੋਰ ਕੀ ਆ? ਕਹਿੰਦੇ ਅੰਦਰ ਨਹੀਂ ਬਣਨ ਦਿੱਤਾ? ਨਾ ਕਿਸੇ ਨੂੰ ਨਹੀਂ ਬਣ ਦਿੱਤਾ। ਹੋਰ ਤੁਸੀਂ ਦੇਖਿਆ ਹੀ ਇਹ ਬੋਲਣਾ ਨਹੀਂ ਹੈਗਾ ਤੁਸੀਂ ਬਈ? ਅਸੀਂ ਇਕੱਲੇ ਬੰਦੇ ਨੂੰ ਪੁੱਛ ਰਹੇ ਹਾਂ ਤਾਂ ਕਿ ਕਿਸੇ ਦੇ ਦਿਲ ਦੇ ਵਿੱਚ ਗਿਲਾ ਨਾ ਰਹੇ ਕਿ ਸਾਡੇ ਲੀਡਰ ਨੂੰ ਮਾੜਾ ਕਹਿ ਗਏ ਜਾਂ ਸਾਡੇ ਲੀਡਰ ਦੇ ਬਾਰੇ ਦੂਜੇ ਲੋਕਾਂ ਨੂੰ ਪੁੱਛ ਗਏ। ਤੁਸੀਂ ਬੋਲਣਾ ਜੀ ਕੁਛ? ਕੀ ਲੱਗਦਾ ਕੀ ਆ ਕੱਲ ਜਿਹੜਾ ਕੁਛ ਹੋਇਆ ਇੱਥੇ ਪਿੰਡ 'ਚ? ਪਿੰਡ 'ਚ ਤਾਂ ਕੱਲ ਬਹੁਤ ਉਹ ਜਿਹੜਾ ਐਮਐਲਏ ਸੀ ਬਹੁਤ ਗਲਤ ਬੋਲ ਕੇ ਗਿਆ। ਐਡਾ ਐਮਐਲਏ ਮਾੜਾ ਸਾਨੂੰ ਅੱਜ ਤਾਈਂ ਨਹੀਂ ਮਿਲਿਆ ਹੈ। ਅੱਜ ਨਾ ਹੁਣ ਅਸੀਂ ਉਹ ਪਿੰਡ 'ਚ ਵੜਨ ਦੇਣਾਗਾ। ਸਰਪੰਚ ਨੂੰ ਸਾਡੇ ਨੂੰ ਇਹੋ ਜਿਹਾ ਸਰਪੰਚ ਆ ਬਹੁਤ ਵੱਧ ਕੇ ਬਹੁਤ ਗਲਤ ਬੋਲ ਗਿਆ। ਇਹ ਜੇ ਐਮਐਲਏ ਤੋਂ ਤਾਂ ਅਸੀਂ ਬਿਨਾਂ ਹੀ ਚੰਗੇ ਆ। ਸਾਨੂੰ ਕਹਿੰਦੇ ਵੀ 13 ਮੰਜੇ ਦਾ ਹਸਪਤਾਲ ਦੇਵਾਂਗੇ ਸਾਨੂੰ। ਹੁਣ ਜਿਹੜਾ ਸਾਡਾ ਹੈਗਾ ਜਿੰਨਾ ਕੁ ਉਹ ਵੀ ਚੱਕੀ ਜਾਂਦਾ, ਕਹਿੰਦਾ ਮੈਂ ਇਹ ਵੀ ਚੱਕ ਨੂੰ, ਉਹਦਾ ਕੀ ਦੇਣਾ ਜੀ? ਕੁਛ ਹੋਰ ਹੀ ਬਣਾਈ ਜਾਂਦਾ। ਮੈਨੂੰ ਨਹੀਂ ਤਾਂ ਪਤਾ ਲੱਗਦਾ ਵੀ ਕੀ ਬਣਾਉਂਦਾ, ਕੋਈ ਦੁਕਾਨ ਬਣਾਉਂਦਾ ਕੀ ਬਣਾਉਂਦਾ। ਇਹਨੂੰ ਕਹਿੰਦੇ ਵੀ ਗਾਹਾਂ ਨੂੰ ਸਾਡੇ ਪਿੰਡ 'ਚ ਨਾ ਵੜੇ, ਬਸ ਅਸੀਂ ਤਾਂ ਇਹ ਤੋਂ ਬਿਨਾਂ ਹੀ ਚੰਗੇ ਆ। ਕਹਿ ਦਈਏ ਵੀ ਗਾਹਾਂ ਨੂੰ ਨਾ ਬੜੇ ਸਹਿਣੇ 'ਚ? ਕਹਿੰਦੇ ਵੀ ਸਾਡੇ ਪਿੰਡ 'ਚ ਨਾ ਵੜੇ ਐਮਐਲਏ, ਅਸੀਂ ਤਾਂ ਇਹ ਤੋਂ ਬਿਨਾਂ ਹੀ ਚੰਗੇ ਆਂਗੇ। ਬਸ ਸਾਡੇ ਸਰਪੰਚ ਨੂੰ ਬਹੁਤ ਗਲਤ ਬੋਲ ਕੇ ਗਿਆ ਹੈ। ਪਛਤਾਉਣੇ ਹੋ ਹੁਣ? ਪਛਤਾਉਣੇ ਹੋ ਵੀ ਜਾਂ ਬਾਦਲਾਂ ਨੂੰ ਹੀ ਵੋਟ ਪਾ ਕੇ ਜਿਤਾ ਦਿੰਦੇ ਜਾਂ ਚੰਨੀ ਵਰਗਿਆਂ ਨੂੰ ਜਿਤਾ ਦਿੰਦੇ? ਅਸੀਂ ਤਾਂ ਜਮਾ ਪਛਤਾਉਨੇ ਆ। ਸਾਨੂੰ ਤਾਂ ਪਤਾ ਨਹੀਂ ਸੀ ਵੀ ਅਸੀਂ ਤਾਂ ਕਿ ਵੀ ਗਰੀਬ ਘਰ ਦਾ ਪੁੱਤਾ ਚੱਲ ਬਣਾ ਦਿੰਨੇ ਆ। ਇਹਨੂੰ ਤਾਂ ਸਹੁਰੇ ਨੂੰ ਜਮਾ ਹੀ ਮੱਤ ਨਹੀਂ, ਨਾ ਸੂਹਾਂ ਨਾ ਸੱਪਾਂ। ਇਹਨੇ ਤਾਂ ਬਹੁਤ ਗਲਤ ਬੋਲ ਕੇ ਗਿਆ ਸਾਡੇ ਪਿੰਡ 'ਚ, ਨਜਾਇਜ਼ ਜੀ। ਇਦੋਂ ਮੁੜ ਕੇ ਮੈਂ ਤੁਹਾਨੂੰ ਦੱਸਦਾ ਵੀ ਸਾਡੇ ਪਿੰਡ 'ਚ ਨਾ ਬੜੇ, ਬਸ ਇਹ ਤੋਂ ਬਿਨਾਂ ਹੀ ਚੰਗੇ ਸੀ। ਤਾਂ ਨਾ ਸਾਨੂੰ ਇਹਦੀ ਮਦਦ ਦੀ ਲੋੜ ਆ, ਨਾ ਸਾਨੂੰ ਇਹਦੇ ਕੋਈ ਪਿਆਰ ਦੀ ਲੋੜ ਆ। ਸਾਨੂੰ ਇਹਨੂੰ ਸਾਡੇ ਪਿੰਡ 'ਚ ਬੜੇ ਹੀ ਨਾ, ਬਸ ਆਹੀ ਗੱਲ ਆ, ਹੋਰ ਗੱਲ ਕੋਈ ਨਹੀਂ ਹੈ। ਬਿਲਕੁਲ। ਤਾਂ ਇਹਨਾਂ ਨੇ ਤਾਂ ਬਾਈਕਾਟ ਹੀ ਕਰਤਾ ਜੀ, ਸਾਡੇ ਪਿੰਡ 'ਚ ਹੀ ਨਾ ਬੜੇ। ਇਧਰਲੇ ਪਾਸੇ ਕਿੰਨੀ ਉਮਰ ਹੋ ਗਈ ਬਜ਼ੁਰਗੋ ਤੁਹਾਡੀ ਕਿੰਨੀ ਉਮਰ ਹੋ ਗਈ? ਸਾਡੀ ਤਾਂ ਉਮਰ ਜੀ 85-86 ਸਾਲ ਦੀ। ਅਸੀਂ ਤਾਂ ਐਂ ਦੇਖਦੇ ਸੀ ਵੀ ਉੱਥੇ ਪੋਸਟਮਾਰਟ ਹੋਏ ਨੇ ਪਹਿਲੇ ਬੰਦੇ ਦੇ ਅੰਗਰੇਜ਼ਾਂ ਦੇ ਰਾਜ ਵੇਲੇ, ਤੇ ਹੁਣ ਉਹਨੂੰ ਚੱਕ ਰਹੇ ਨੇ। ਚੱਕਿਆ ਕਾਹਤੋਂ ਜਾਂਦਾ? ਅਸੀਂ ਤਾਂ ਕਹਿੰਦੇ ਉੱਥੇ 18-20 ਮੰਜਿਆਂ ਦਾ ਹਸਪਤਾਲ ਬਣਨ ਦਾ ਆਰਡਰ ਹੋਣਾ ਚਾਹੀਦਾ ਸਰਕਾਰ ਵੱਲੋਂ, ਬਸ। ਬਿਲਕੁਲ। ਤਾਂ ਅਸੀਂ ਇੱਥੇ ਗੱਲਾਂ ਬਾਤਾਂ ਕਰੀਆਂ ਨੇ, ਤੁਹਾਨੂੰ ਤਕਰੀਬਨ ਜਿਹੜੀ ਕਿ ਸਾਰੀ ਰਿਪੋਰਟ ਆ ਉਹ ਦਿਖਾ ਦਿੱਤੀ ਆ। ਹੁਣੇ ਆਏ ਹੋ ਬਜ਼ੁਰਗੋ ਘਰੋਂ? ਤੁਰੇ ਹੀ ਆਏ ਹੋ? ਹਾਂਜੀ ਤੁਰੇ ਆਏ। ਕੱਲ ਇੱਥੇ ਕਹਿੰਦੇ ਖਾਸਾ ਕੁਛ ਰੌਲਾ ਪੈ ਗਿਆ, ਕਹਿੰਦੇ ਕਾਫੀ ਕੁਛ ਵਾਪਰ ਗਿਆ। ਪਤਾ ਲੱਗਿਆ ਮੈਂ ਹੈ ਨਹੀਂ ਸੀ ਇੱਥੇ, ਬਾਹਰ ਸੀਗਾ ਮੈਂ, ਹੈ ਨਹੀਂ ਸੀ ਇੱਥੇ। ਪਹਿਲਾਂ ਦੇਖਿਆ ਉਹਦੀ ਉਮਰ ਦੇ ਵਿੱਚ ਅਜਿਹਾ ਕੁਛ ਹੁੰਦਾ? ਮੈਂ ਇਹੋ ਜਿਹਾ ਕੁਛ ਨਹੀਂ ਦੇਖਿਆ ਜੀ। ਨਹੀਂ ਦੇਖਿਆ ਜੀ। ਦੇਖਿਆ ਬਥੇਰੇ, ਚਲੋ ਸਿਆਸੀ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਆਪਦੇ ਚਾਰ ਰੱਖਦੀਆਂ ਵੀ ਚਲੋ ਚੰਗੀ ਗੱਲ ਹੈ ਜੇ ਉਹ ਪਿੰਡ ਦਾ ਕੋਈ ਕੰਮ ਹੁੰਦਾ ਸੀ। ਪਰ ਜਦੋਂ ਸਰਪੰਚ ਸਾਹਿਬ ਨੇ ਸੁਝਾਅ ਦਿੱਤੇ ਸੋ ਮੰਨ ਲੈਣਾ ਚਾਹੀਦਾ ਸੀ। ਜਿਹੜੀ ਗੱਲ ਸੁਣੀ ਹੈ ਗੱਲ ਵੀ ਰੌਲਾ ਪਿਆ ਜਿਸ ਗੱਲ ਕਰਤੀ ਵੀ ਜੇ ਉਹਨਾਂ ਕੋਲ ਨਹੀਂ ਫੰਡ ਸੀ, ਬਿਲਡਿੰਗ ਸੀਗੀ ਇੱਥੇ, ਬਿਲਡਿੰਗ ਮਤਲਬ ਸਰਪੰਚ ਸਾਹਿਬ ਦੇ ਦਿੰਦੇ ਵੀ ਉੱਥੋਂ ਸਾਡੇ ਪਹਿਲਾਂ ਹੀ ਡਾਕਟਰ ਨਹੀਂ ਬਹਿੰਦਾ, ਸਾਡੇ ਪਹਿਲਾਂ ਹਸਪਤਾਲ ਬਣਿਆ ਵਾ, ਸਾਨੂੰ ਤਾਂ ਹੋਰ ਉੱਥੇ ਮਤਲਬ ਬਿਸਤਰਿਆਂ ਦਾ ਚਾਹੀਦਾ। ਖੜਦਾ ਕੋਈ ਔਰ ਬਾਰ ਮੈਂ ਸਫਾਈ ਸੇਵਕ ਸਾਰੇ ਪਿੰਡ ਦਾ ਭਾਈ, ਮੈਂ ਕਹਿੰਦਾ ਸਫਾਈ ਸੇਵਕ ਅੱਜ ਲੈ ਕਰ ਮੈਂ ਦੂਜਾ ਨਹੀਂ ਉਹ ਸ਼ਰਾਬ ਜੀ। ਹਾਂਜੀ, ਤਾਂ ਅਸੀਂ ਇੱਥੇ ਜਿਹੜੀ ਗੱਲਬਾਤ ਹੈ ਸਫਾਈ ਸੇਵਕ ਨੇ, ਉਹਨਾਂ ਨੇ ਵੀ ਇੱਧਰ SHO ਸਾਹਿਬ ਲੰਘ ਗਏ ਹੈਗੇ।
ਕਿੱਧਰ ਲੰਘ ਗਿਆ SHO ਸਾਹਿਬ? ਸਿਮਰਨਜੀਤ ਸਿੰਘ ਮਾਨ ਵੀ ਪਹੁੰਚ ਚੁੱਕੇ ਨੇ, ਤੁਸੀਂ ਦੇਖ ਸਕਦੇ ਹੋ ਤਸਵੀਰ ਆ। ਸਰਦਾਰ ਸਿਮਰਨਜੀਤ ਸਿੰਘ ਮਾਨ ਪਹੁੰਚੇ ਨੇ ਤਾਂ ਅਸੀਂ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਕੱਲ ਕਾਫੀ ਕੁਝ ਵਾਪਰਿਆ ਇੱਥੇ। ਸਪੋਰਟ ਦੀ ਗੱਲ ਕਰ ਰਹੇ ਨੇ ਸਿਮਰਨਜੀਤ ਸਿੰਘ ਮਾਨ, ਸੰਗਰੂਰ ਤੋਂ MP ਜਿੱਤੇ ਹੋਏ ਨੇ ਜਿਮਨੀ ਚੋਣ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਅੱਜ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਇੱਥੇ ਤੁਹਾਨੂੰ ਅਸੀਂ ਤਸਵੀਰ ਦਿਖਾ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ। ਤਾਂ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਨਾਲ ਗੁਰਜੰਟ ਸਿੰਘ ਕੱਟੂ, ਰਣਦੀਪ ਸਿੰਘ, ਤਾਂ ਇਹ ਸਾਰੇ ਜਿਹੜੇ ਪਾਰਟੀ ਦੇ ਮੈਂਬਰ ਨੇ ਉਹ ਵੀ ਪਹੁੰਚੇ ਨੇ। ਤਾਂ ਇੱਥੇ ਅਸੀਂ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਤੁਸੀਂ ਦੇਖ ਸਕਦੇ ਹੋ, ਇੱਕ ਪਾਸੇ MLA ਗਾਲਾਂ ਕੱਢਦੇ ਨੇ ਤਾਂ ਦੂਜੇ ਪਾਸੇ MP ਮਾਨ ਸਨਮਾਨ ਦਿੰਦੇ ਨੇ। ਤਾਂ ਸਾਡੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ। ਇੱਕ ਪਾਸੇ ਫੰਡ ਦੇ ਕੇ ਜਾਂਦੇ ਨੇ ਸੈਣਾ ਪਿੰਡ ਨੂੰ, ਤਾਂ ਇੱਕ ਪਾਸੇ MLA ਗਾਲਾਂ ਕੱਢਦੇ ਦਿਖਾਈ ਦਿੰਦੇ ਨੇ। ਤਾਂ ਅਸੀਂ ਇਸ ਮਾਨ ਸਾਹਿਬ ਨੇ 5 ਲੱਖ ਦਾ ਐਲਾਨ ਕੀਤਾ ਹਸਪੀਟਲ ਨੂੰ, ਜਿਹੜੇ ਹਸਪੀਟਲ ਦੀ ਗੱਲ ਨੂੰ ਲੈ ਕੇ ਸਰਪੰਚ ਨੂੰ ਗਾਲਾਂ ਕੱਢੀਆਂ MLA ਦੇ ਵੱਲੋਂ। ਮਾਨ ਸਾਹਿਬ ਤੁਸੀਂ 5 ਲੱਖ ਦਾ ਐਲਾਨ ਕਰਦੇ ਹੋ, ਦੂਜੇ ਪਾਸੇ MLA ਗਾਲਾਂ ਕੱਢ ਰਹੇ ਨੇ। ਚਲੋ ਫਿਰ ਇਹਦਾ ਤਾਂ ਇਹ ਜਵਾਬ ਨਹੀਂ ਨਾ ਦੇ ਸਕਦੇ ਕੁਛ ਵੀ, ਕਿਉਂ ਕਰਕੇ ਸਰਪੰਚ ਬੁਨਿਆਦ ਹੈ ਸਾਡੀ ਜਮਹੂਰੀਅਤ ਦੀ ਜੀ, ਤੇ ਇਹਦੇ ਨਾਲ ਖੜਨਾ ਹਰੇਕ ਆਦਮੀ ਨੂੰ ਚਾਹੀਦਾ ਹੈਗਾ, ਕਿਉਂ ਕਰਕੇ ਹਰੇਕ ਆਦਮੀ ਦੇ ਦੁੱਖ ਸੁੱਖ ਸਰਪੰਚ ਸੁਣਦਾ ਹੈ। MLA ਨਹੀਂ ਸੁਣ ਸਕਦਾ, MP ਨਹੀਂ ਸੁਣ ਸਕਦਾ, ਹੋਰ ਕੋਈ ਨਹੀਂ ਸੁਣ ਸਕਦਾ। ਸਰਪੰਚ ਹੈ ਜਿਹੜਾ ਸਾਰੇ ਦੁੱਖ ਤਕਲੀਫ ਸੁਣਦਾ ਹੈਗਾ, ਤੇ ਇਹਦੀ ਇੱਜ਼ਤ ਹੋਣੀ ਚਾਹੀਦੀ ਹੈ, ਨਾ ਕਿ ਇਹਨੂੰ ਡਰਾਵੇ ਦੇਣੇ ਚਾਹੀਦੇ ਮਾਨ ਆ। ਸਾਹਿਬ ਜਿਹੜਾ ਤੁਸੀਂ ਪਰਚੀ ਦੀ ਗੱਲ ਕਰੀ ਹੈ, ਇਹ ਮੁੱਦਾ ਜਿਹੜਾ ਇਹ ਗਾਲਾਂ ਕੱਢੀਆਂ ਗਈਆਂ MLA ਦੇ ਵੱਲੋਂ, ਤੁਸੀਂ ਲੋਕ ਸਭਾ ਦੇ ਵਿੱਚ ਇਹ ਚੁੱਕੋਗੇ? ਜੇ ਟਾਈਮ ਮਿਲਿਆ ਤਾਂ ਚੱਕਾਂਗੇ, ਪਰ ਇਹ ਮੇਰਾ ਮਤਲਬ ਹੋਰ ਬੜੇ ਮੁੱਦੇ ਹੁੰਦੇ ਹੈ ਤੇ ਵਿੱਚ ਗੱਲ ਕਰਦਿਆਂ ਫਸਾ ਸਕਾਂਗੇ ਕਿਸੇ ਗੱਲਬਾਤ ਦੇ ਵਿੱਚ। ਜੀ ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ, ਤੁਸੀਂ ਦੇਖ ਸਕਦੇ ਹੋ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਸਾਡੇ ਨਾਲ ਮੌਜੂਦ ਸਨ, ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰੀ ਆ। ਤਾਂ ਅੱਜ ਸਰਪੰਚ ਦੇ ਹੱਕ ਦੇ ਵਿੱਚ ਪਹੁੰਚੇ ਸੀ, ਸਿਮਰਨਜੀਤ ਸਿੰਘ ਮਾਨ। ਤਾਂ ਇੱਥੇ ਇੱਕ ਪਾਸੇ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਇੱਕ ਪਾਸੇ ਲੋਕਾਂ ਦੇ ਵੱਲੋਂ ਚੁਣੇ ਹੋਏ ਸਰਪੰਚ ਨੂੰ, ਲੋਕਾਂ ਦੇ ਵੱਲੋਂ ਹੀ ਚੁਣੇ ਹੋਏ MLA ਦੇ ਵੱਲੋਂ ਗਾਲਾਂ ਕੱਢੀਆਂ ਗਈਆਂ, ਤਾਂ ਦੂਜੇ ਪਾਸੇ ਲੋਕਾਂ ਦੇ ਵੱਲੋਂ ਚੁਣੇ ਹੋਏ MP ਦੇ ਵੱਲੋਂ ਪਿੰਡ ਨੂੰ ਫੰਡ ਦੀ ਗੱਲ ਕਰੀ ਗਈ। 5 ਲੱਖ ਦਾ ਐਲਾਨ ਕੀਤਾ ਗਿਆ ਕਿ ਉਸੇ ਹਸਪੀਟਲ ਦੇ ਵਿੱਚ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਤਾਂ ਅਸੀਂ ਆਪਣੇ ਫੰਡ ਦੇ ਵਿੱਚੋਂ 5 ਲੱਖ ਰੁਪਇਆ ਦੇਵਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਗਰਾਊਂਡ ਜ਼ੀਰੋ ਤੇ ਰਿਪੋਰਟ ਆ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਸਾਰੇ ਪਿੰਡ ਨੂੰ, ਕੱਲੇ ਸਰਪੰਚ ਨੂੰ ਨਾ ਕਹ ਸਾਰੇ ਪਿੰਡ ਨੂੰ ਕੱਢੀਆਂ, ਜਾਂ ਇੱਥੇ ਆਏ ਦਿਨ ਬੰਨ ਸਾਡੇ ਨਾਲ, ਅੱਜ ਜਿੱਥੇ ਮਰਜ਼ੀ ਆਏ, ਹਾਂ ਸਾਰੇ MLA ਲੈਬ ਸ਼ਕਾਬ ਦੇ। ਕਿੰਨੀ ਉਮਰ ਹੋ ਗਈ ਬਾਬਾ ਤੁਹਾਡੀ? 80 ਸਾਲ ਦੀ ਹੋ ਗਈ ਜੀ। 80 ਸਾਲਾਂ ਦੀ ਦੇਖਿਆ ਪਹਿਲਾਂ ਕੋਈ ਅਜਿਹਾ MLA MP ਜਿਹੜਾ ਪਿੰਡ ਨੂੰ ਆ ਕੇ ਬੋਲੇ? ਸਾਰੇ ਉੱਤੇ ਫਿਰਦੇ ਨਾਲ, ਤੇਰੇ ਪ੍ਰਦੇਸ਼ ਦਾ ਇਹਦੇ ਨਾਲ ਹੀ ਸਾਰੀ ਹੁਣ ਪਹਿਲਾਂ ਮੁੱਢਾ ਸੀ ਇਹਦੇ। ਇਹ ਗਦਾਰਾਂ ਨਾਲ ਤਾਂ ਕਿੱਥੇ ਰੁਲਦੇ ਆ। ਸੱਚਾ ਮੋਬਾਈਲ ਵੇਚਦਾ, ਟਰਾਂਸਫਾਰਮ ਵੇਚਦਾ, ਚੋਰ ਖੜਾ ਕਰਕੇ ਉਹ ਬਣਾਤਾ। ਚੋਰ ਨੇ ਚੋਰੀ ਵਾਲੀ ਗੱਲ ਕੀਤੀ, ਬਦਮਾਸ਼ ਵਾਲੀ ਗਾਲਾਂ ਕੱਢ ਗਿਆ। ਤੇ ਕੱਲ ਇੱਥੇ ਹੁੰਦੇ ਤਾਂ ਫਿਰ ਢਿੱਡ ਨਾਲ ਪਾੜ ਦਿੰਦੇ, ਸ਼ੱਕ ਅੰਦਰ ਜਾ ਵੜਦੇ ਤਾਂ ਇੱਕ ਜਾਂਦੀ ਅੰਦਰ ਵੀ ਬੰਦੇ ਜਾਂਦੇ ਨੇ, ਕਿਹੜਾ ਬੋਲਦਾ। ਬਹੁਤ ਵੱਡੀ ਗਲਤੀ ਕੀਤੀ ਇਹਨਾਂ ਨੇ, ਬਹੁਤ ਬੇਕੂਫੀ ਕੀਤੀ। ਇਦੋਂ ਬੇਕੂਫੀ ਹੋਰ ਕੋਈ ਹੋ ਸਕਦੀ ਆ। ਸਰਪੰਚ ਨੂੰ ਉਹਦੇ ਪਿਓ ਦੇ ਕਾਤਲ ਨੂੰ ਆਪ ਕਹੇ ਹੋਵੇ ਅੰਦਰ, ਉਹਦਾ ਪਿਓ ਉਹ ਤੋਂ ਮਰਿਆ। ਅਸੀਂ ਕਹਿ ਰਹੇ ਉਹਦਾ ਪਿਓ ਉਹਨੇ ਮਾਰਿਆ ਆਪ। ਕੋਈ ਸਬੂਤ ਹੈ? ਤੁਸੀਂ ਇਹ ਗੱਲ ਬੜੀ ਵੱਡੀ ਕਹਿ ਰਹੇ ਹੋ ਅੱਜ ਇੱਥੇ ਖੜ ਕੇ ਲੋਕਾਂ ਦੀ, ਕਿਉਂਕਿ ਉਹ ਗੁੱਸੇ ਹੋ ਗਿਆ। ਉਹ ਕਿਹਦੇ ਨਾਲ ਮਰਿਆ? ਉਹਦੀ ਮਾਂ ਨਾਲ, ਉਹਦੇ ਨਾਲ ਤੋਇਆ। ਉਹ ਕਿਹਦੇ ਨਾਲ ਗੁੱਸੇ ਹੋਇਆ? ਦੱਸੇ ਕਿਹਦੇ ਨਾਲ ਗੁੱਸੇ ਹੋ ਕੇ ਮਰਿਆ? ਰਿਪੋਰਟ ਤਾਂ ਦੇਵੇ, ਮੇਰਾ ਪਿਓ ਮਰਿਆ। ਉਹ ਤਾਂ ਕਹਿੰਦੇ ਅਟੈਕ ਆਇਆ, ਰਿਪੋਰਟਾਂ ਦਿੱਤੀਆਂ ਨੇ, ਕਹਿੰਦੇ ਰਿਪੋਰਟਾਂ ਦੇ ਵਿੱਚ ਅਟੈਕ ਕਢਾ ਦਿੱਤੀਆਂ ਜੀ ਪੈਸੇ ਤੇ MLA ਕਾ ਕਢਾ ਦਿੱਤੀਆਂ। ਬਾਈ ਖੜੇ ਨੇ, ਬਾਈ ਨੌਜਵਾਨੋ, ਕੱਲ ਤੁਹਾਡੇ ਪਿੰਡ ਦੇ ਸਰਪੰਚ ਦੇ ਨਾਲ ਕਾਫੀ ਵਧੀਕੀ ਹੋਈ ਹੈ। ਇੱਕ ਮੇਰੇ ਪਿੰਡ ਤਾਂ ਗਿੱਲ ਗੁੱਠੇ ਜਿਉਂ ਸਹਿਣੇ ਨਾਲ ਹੀ ਹੈ। ਹਾਂਜੀ ਆਜੋ ਉਰੇ ਨੂੰ ਆਜੋ ਬਾਬੇ, ਉਰੇ ਨੂੰ ਆਜੋ। ਅੱਜ ਅਸੀਂ ਗੱਲਾਂ ਕਰਨੇ ਆਏ ਆ ਪਿੰਡ ਦੇ ਨਾਲ। ਜਿੱਥੇ ਮਰਜ਼ੀ ਆ ਜੇ, ਇੱਥੇ ਮਰਜ਼ੀ ਜਦੋਂ ਮਰਜ਼ੀ ਆ ਜੇ, ਤੈਨੂੰ ਦੱਸ ਕੇ ਵੀ ਅਸੀਂ ਆਉਂ ਨਾ, ਬੱਚੇ ਦਾ ਸਾਫ ਤੇ ਜਾਵੜਾ ਫਿਰ ਦੇਖ ਲਾਂਗੇ ਜੀ।
ਗਾਂ ਸਣੇ ਕਹਿੰਦੇ ਮੂੰਹ ਵੀ ਕਰਕੇ ਤਾਂ ਕਹਿ ਦਿਓ ਜੀ ਮੂੰਹ ਵੀ ਕਰਕੇ ਤਾਂ ਇਹ 76 ਪੈਣਗੇ ਤਾਂ 76 ਤੁਸੀਂ ਕੋਲੇ ਸੀ ਪ੍ਰਧਾਨ ਜੀ? ਕੀ ਗੱਲਬਾਤ ਹੋਈ ਆ ਕੱਲ? ਕਿੱਥੋਂ ਸ਼ੁਰੂ ਹੋਈ ਆ, ਕਿੱਥੇ ਜਾ ਕੇ ਖਤਮ ਹੋ ਗਈ ਇਹ ਗੱਲ? ਗੱਲਬਾਤ ਸਾਡੇ ਮਿੰਨੀ ਹਸਪਤਾਲ ਅੱਡੇ ਤੇ ਬੁਲਾ ਕਰਨੀ। ਬਾਕੀ ਇਹ ਪਹਿਲਾਂ ਤੋਂ ਸੀਗਾ ਇੱਥੇ ਜਿਹੜੇ ਪੋਸਟਮਾਰਟਮ ਵੀ ਹੁੰਦੇ ਰਹੇ ਅੰਗਰੇਜ਼ਾਂ ਵੇਲੇ ਦਾ ਹਸਪਤਾਲ ਆ। ਇਹ ਸਾਡੇ ਪਿੰਡ ਦੇ ਲਾਰਿਆਂ ਦਾ ਸਮਝਦਾ ਵੀ ਇਹ ਦਾਨ ਕੀਤੀ ਹੋਈ ਜ਼ਮੀਨ ਪੰਚਾਇਤੀ ਜ਼ਮੀਨ ਨਹੀਂ, ਇਹਨੂੰ ਬਦਲ ਨਹੀਂ ਸਕਦੇ। ਪਹਿਲਾਂ ਕਲੇਰ ਸਰਪੰਚ ਜਦੋਂ ਬਣਿਆ ਸੀ ਉਦੋਂ ਇੱਥੋਂ ਹਸਪਤਾਲ ਬਦਲਣ ਦੀ ਗੱਲ ਕਰੀ ਸੀ, ਉਹ ਕਹਿੰਦੇ ਹਸਪਤਾਲ ਰੱਖ ਸਕਦੇ ਬਦਲ ਨਹੀਂ ਸਕਦੇ। ਇੱਥੇ ਜਿਹੜੇ ਇਹਨਾਂ ਨੂੰ ਅਸੀਂ ਇਹ ਆਖਿਆ ਵੀ ਜਿਹੜੀ ਸਾਡੀ ਡਿਸਪੈਂਸਰੀ ਇਹ ਨਾ ਚੱਕੀ ਜਾਵੇ, ਇੱਥੇ ਜਿੰਨੇ ਮੁਲਾਜ਼ਮ ਆ ਪੂਰੇ ਕਰੇ ਜਾਣ। ਪੰਚਾਇਤ ਨੇ ਇਹ ਗੱਲ ਕਹੀ ਵੀ ਆਹ ਦੁਕਾਨਾਂ ਬਣੀਆਂ ਮੈਂ ਪੰਚਾਇਤ ਘਰ 'ਚ ਜਾਂ ਹੋਰ ਜਗ੍ਹਾ ਉਹ ਦੇ ਦਿੰਦੇ ਆ, ਨਹੀਂ ਤੁਹਾਨੂੰ ਜਿੱਥੇ ਚੰਗੀ ਲੱਗਦੀ ਆ, ਜੇ ਗੌਰਮੈਂਟ ਕੋਲ ਪੈਸੇ ਨਹੀਂ ਅਸੀਂ ਬਣਵਾ ਕੇ ਦੇ ਦਿੰਦੇ ਆ ਵੀ ਸਾਡੀ ਇਹ ਬਣੀ ਵੀ ਚੀਜ਼ ਨਾ ਚੱਕੀ ਜਾਵੇ। ਤੇ ਉਦੋਂ ਬਾਅਦ ਜਦੋਂ ਇਹ ਗੱਲਾਂ ਹੋਈਆਂ, ਜਿਹੜੇ ਇਹਨਾਂ ਦੇ ਵਰਕਰ ਸਾਨੂੰ ਕਹਿੰਦੇ ਹੁੰਦੇ ਸੀ ਮਾਨ ਸਾਹਿਬ ਤੋਂ 25 ਬਿਸਤਰਿਆਂ ਦਾ ਹਸਪਤਾਲ ਮੰਗੋ, ਮੈਂ ਕਿਹਾ ਇਹਦੇ 'ਚ ਇਹ ਕੋਟੇ 'ਚ ਹੁੰਦਾ ਨਹੀਂ ਵੀ ਹੁਣ ਤੁਹਾਡੀ ਸਰਕਾਰ ਆ ਗਈ। ਇਹਨਾਂ ਦੇ ਵਰਕਰ ਕਹਿੰਦੇ ਵੀ ਸੀਗਾ ਜਿਹੜੀ ਸਰਪੰਚ ਨੇ ਗੱਲ ਕਹੀ ਵੀ ਤੁਸੀਂ 17 ਮੰਜਾ ਦਾ ਉਹ ਕਹਿੰਦੇ ਸੀ ਹਸਪਤਾਲ ਦੇਵਾਂਗੇ, ਇਹਨੂੰ ਕਹਿੰਦੇ ਝੂਠ ਬੋਲਦਾ। ਫਿਰ ਤਰਖੀ ਕਾ ਕੇ ਕਹਿੰਦਾ ਜੇ ਸਰਪੰਚ ਆਦਰੇ ਛਿੱਤਰ ਮਾਰ ਕੇ ਅੰਦਰ ਕੀਤਾ ਹੁੰਦਾ ਫਿਰ ਤੈਨੂੰ ਪਤਾ ਲੱਗਦਾ। ਇੱਕ ਨੂੰ ਬੋਲਿਆ ਫਿਰ ਪ੍ਰਸ਼ਾਸਨ ਨੇ ਇਹਨੂੰ ਗਾਹਾਂ ਨੂੰ ਕਰ ਲੈਣਾ ਸੀ, ਉਸ 'ਚ ਭੱਟ ਹੁੰਦੀ। ਬਿਲਕੁਲ। ਤਾਂ ਇਹ ਪੂਰੀ ਜਿਹੜੀ ਕਹਾਣੀ ਹੋਈ ਆ ਇੱਥੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇੱਥੇ ਕਾਫੀ ਲੋਕਾਂ ਦੇ ਵਿੱਚ ਰੋਹ ਆ, ਗੁੱਸਾ ਗਾ ਕਿ ਸਾਡੇ ਪਿੰਡ ਦੇ ਸਰਪੰਚ ਨੂੰ ਆਖਰ ਇੱਕ ਐਵੇਂ ਬੋਲ ਕਿਵੇਂ ਗਿਆ। ਜਿਹੜਾ ਵਿਰੋਧ ਸੀਗਾ ਉਸ ਵਿਰੋਧ ਦੇ ਵਿੱਚ ਭਦੌੜ ਹਲਕੇ ਦੇ ਵਿਧਾਇਕ ਇਹ ਕਹਿੰਦੇ ਨਜ਼ਰ ਆਏ ਨੇ ਕਿ ਤੇਰੇ ਥੱਪੜੇ ਮਾਰੇ ਜਾਣਗੇ, ਤੈਨੂੰ ਥੱਲੇ ਸੁੱਟਿਆ ਜਾਊਗਾ। ਉਹ ਕੱਲਾ ਸਰਪੰਚ ਦੇ ਥੱਪੜ ਨਹੀਂ ਵੱਜਿਆ ਜੀ ਵੀਰ ਜੀ, ਉਹ ਸਾਰੇ ਪਿੰਡ ਦੇ ਵੱਜ ਗਿਆ। ਉਹਨਾਂ ਨੇ ਬਹੁਤ ਗਲਤ ਕਰਿਆ। ਸਰਪੰਚ ਸਾਹਿਬ ਦੇ ਨਾਲ ਸਾਰਾ ਪਿੰਡ ਆ ਜੀ ਖੜਾ। ਮਹੱਲਾ ਕਲੀਨਿਕ ਚਾਹੁੰਦੇ ਹੋ ਪਿੰਡ ਦੇ ਵਿੱਚ? ਇਹ ਗੱਲ ਸਾਰੇ ਲੋਕ ਚਾਹੁੰਦੇ। ਸਾਡੇ ਹਸਪਤਾਲ ਸੀਗੇ ਬਣਿਆ ਵੱਡਾ, ਹਸਪਤਾਲ ਚੱਕ ਕੇ ਸਰਪੰਚ ਸਾਹਿਬ ਕਹਿੰਦੇ ਸੀ ਇੱਥੇ ਸਾਨੂੰ ਜਗ੍ਹਾ ਦੇ ਲਓ, ਬਣੇ ਵੀ ਕਮਰੇ ਇੱਥੇ ਬਣਾ ਲਓ। ਉਹ ਤਾਂ ਇੱਕ ਜਿੱਦਬਾਜ਼ੀ ਵਾਲੀ ਗੱਲ ਹੈ ਜੀ। ਭਗਵੰਤ ਮਾਨ ਚ ਵਾਅਦਾ ਵੀ ਕਰਕੇ ਗਿਆ ਸੀ, ਕਹਿੰਦਾ ਮੈਂ 25 ਬਿਸਤਰਿਆਂ ਦਾ ਹਸਪਤਾਲ ਬਣਾਊਂ। ਇਹ ਵੀ ਸਟੇਜ ਤੇ ਬੋਲ ਕੇ ਗਿਆ ਸੀ। ਜੋ ਕੱਲ ਸਰਪੰਚ ਨੇ ਕਿਹਾ, ਕਹਿੰਦਾ ਇਹ ਕੀ ਕਰ ਰਹੇ ਹੋ, ਉਹ ਸਰਪੰਚ ਨੂੰ ਪੁੱਠਾ ਬੋਲਿਆ, ਕਹਿੰਦਾ ਤੇਰੇ ਮਾਰ ਕੇ ਲਫੇੜੇ ਤੈਨੂੰ ਅੰਦਰ ਛੱਡਿਆ ਵੇ, ਤੈਨੂੰ ਫੇਰ ਪਤਾ ਲੱਗੇ। ਇਹ ਕਹਿੰਦਾ ਜੀ ਇੱਥੇ ਫ੍ਰੀ ਟੈਸਟ ਹੋਇਆ ਕਰਨਗੇ। ਇਹਦੇ ਪਿੰਡ ਮਹੱਲਾ ਕਲੀਨਿਕ ਬਣਿਆ, ਜਾ ਕੇ ਪਹਿਲਾਂ ਉੱਥੇ ਦੇਖੋ ਵੀ ਉਹ ਕਿੰਨੇ ਕੁ ਟੈਸਟ ਹੁੰਦੇ ਆ। ਉੱਥੇ ਜਿੰਦਾ ਲੱਗਿਆ ਪਿਆ। ਜਿਹੜਾ ਮਾੜਾ ਮੋਟਾ ਇੱਥੇ ਗਰੀਬ ਜਨਤਾ ਨੂੰ ਸਹੂਲਤ ਮਿਲਦੀ ਸੀ ਉਹ ਵੀ ਗਈ। ਜੇ ਹੁਣ ਇਹ ਲੋਕ ਦੁਨੀਆ ਉੱਪਰ ਨੂੰ ਜਾ ਰਹੀ ਹੈ, ਸਾਡੇ ਪਿੰਡ ਨੂੰ ਥੱਲੇ ਨੂੰ ਲੈ ਕੇ ਜਾ ਰਿਹਾ। ਇਹ ਆਉਣਗੇ ਵੋਟਾਂ ਮੰਗਣ, ਫਿਰ ਕੀ ਉਹਨਾਂ ਨੂੰ ਪੁੱਛੋਗੇ ਕੋਈ ਗੱਲ? ਤਾਂ ਪਿੰਡ 'ਚ ਵੀ ਨਹੀਂ ਵੜਨ ਦਿੰਦੇ ਜੀ। ਉਹ ਜਿਹੇ ਬੰਦੇ ਨੂੰ ਵੀ ਸਾਡੇ ਪਿੰਡ 'ਚ ਖੁਸ਼ੀ ਆਵੇ, ਸਾਰਾ ਪਿੰਡ ਹੀ ਬਾਈਕਾਟ ਕਰੂਗਾ ਵਾਢਿਆਂ ਵਾਲਾ ਉਹਨਾਂ ਦਾ। ਸਾਡਾ ਸਰਪੰਚ ਚੁਣਿਆ ਵਾ, ਸਾਰੇ ਪਿੰਡ ਦਾ ਚੁਣਿਆ ਵਾ। ਇਹ ਥੋੜਾ ਵੀ ਉਹਨੂੰ ਜਦੋਂ ਉਹਦੀ ਹੱਦ ਕਰ ਗਿਆ ਬਾਕੀ ਕੀ ਰਹਿ ਗਿਆ ਪਿੱਛੇ ਸਾਡੇ ਕੋਲ। ਆਪਣੀ ਉਮਰ ਦੇ ਵਿੱਚ ਕਦੇ ਦੇਖਿਆ ਸੀ ਇਹੋ ਜਿਹਾ ਕੁਝ ਐਮਐਲਏ ਵੱਲੋਂ ਸਰਪੰਚ ਨੂੰ ਬੋਲਿਆ ਗਿਆ? ਅਸੀਂ ਇਹੋ ਜਿਹਾ ਬੰਦਾ ਅੱਜ ਤੱਕ ਦੇਖਿਆ ਹੀ ਨਹੀਂ ਸੀ। ਇਹ ਕਹਿੰਦਾ ਸੀ ਵੀ ਬਦਲਾਅ ਕਰੂੰਗਾ। ਹੁਣ ਥਾਂ ਥਾਂ ਤਾਂ ਚੋਰੀਆਂ ਹੋਈ ਜਾਂਦੀਆਂ, ਥਾਂ ਥਾਂ ਕੋਈ ਜਿੱਥੇ ਮਰਜ਼ੀ ਲੁੱਟ ਖੋਹ ਹੋਈ ਜਾਂਦੀ ਆ। ਆ ਸਾਡੇ ਪੜਾਂ ਵਾਲੇ ਰਾਹ ਦੇ ਵਿੱਚ ਕੋਈ ਨਹੀਂ ਲੰਘਣ ਦਿੰਦਾ ਹੈ। ਇਹਦੇ ਰਾਜ ਦੇ ਵਿੱਚ ਬਦਲਾਅ ਹੋਇਆ ਵਾ, ਕੁਲਚਿਆਂ ਵਾਲੇ ਤੋਂ ਵੀ ਪੈਸੇ ਖੋਹੀ ਜਾਂਦੇ। ਜੀ ਸਾਡੀ ਸਾਥੋਂ ਗਲਤੀ ਇੱਕ ਬਹੁਤ ਬੜੀ ਇਹ ਹੋ ਚੁੱਕੀ ਆ, ਜਿਹਦਾ ਅਸੀਂ ਅੱਜ ਖਮਿਆਜਾ ਭੁਗਤ ਰਹੇ ਹਾਂ ਕਿ ਅਸੀਂ ਵਿਰੋਧੀ ਧਿਰ ਹੀ ਨਹੀਂ ਰੱਖੀ। ਅਸੀਂ 92 ਦੀਆਂ 92 ਸੀਟਾਂ ਇਹਨਾਂ ਨੂੰ ਦੇ ਬੈਠੇ, ਜਦ ਕਿ ਵਿਰੋਧੀ ਧਿਰ ਹੁੰਦੀ ਤਾਂ ਅੱਜ ਇਹ ਇਹਨਾਂ ਗੱਲਾਂ ਤੇ ਨਾ ਉਤਰਦੇ, ਕਿਉਂਕਿ ਹੁਣ ਕੋਈ ਬੋਲਣ ਵਾਲਾ ਹੈ ਹੀ ਨਹੀਂ। ਅਸੀਂ ਬਖਸ਼ਦੇ ਨਹੀਂ ਸੀਗੇ। ਇੱਕ ਬੰਦਾ ਕੱਲ ਤਾਂ ਸਾਨੂੰ ਹੱਥ ਬੰਨ੍ਹ ਕੇ ਵੋਟਾਂ ਮੰਗਦਾ, ਮੇਰੀ ਮਦਦ ਕਰੋ। ਅਗਲੇ ਦਿਨ ਸਾਨੂੰ ਆ ਕੇ ਲਫੇੜੇ ਦਿਖਾਉਂਦਾ, ਕਹਿੰਦਾ ਤੁਹਾਨੂੰ ਜੇਲ੍ਹ 'ਚ ਸਿੱਟਿਆ ਹੋਵੇ, ਫਲਾਨਾ ਕਰਿਆ ਹੋਵੇ। ਉਹਨੂੰ ਅਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ? ਨਹੀਂ ਕਰਦੇ। ਐਸਐਚਓ ਸਾਹਿਬ ਤੁਸੀਂ ਕੱਲ ਨਾਲ ਸੀਗੇ ਜਿਹੜੀ ਘਟਨਾ ਵਾਪਰੀ ਆ ਇੱਥੇ ਹੋਇਆ ਜੋ ਕੁਝ ਹੋਇਆ, ਤੁਸੀਂ ਕੱਲ ਨਾਲ ਸੀਗੇ? ਜਿਹੜਾ ਇੱਥੇ ਕੱਲ ਵਿਧਾਇਕ ਦੇ ਨਹੀਂ, ਆਪਾਂ ਵੀ ਗੱਲ ਬਹੁਤ ਬਾਹਲੀ ਜ਼ਰੂਰੀ ਆ ਗੱਲ ਜਿਹੜੀ ਆਪਾਂ ਕਰ ਰਹੇ ਹਾਂ, ਲੋਕਾਂ ਦੀ ਮਸਲਾ ਹੈਗਾ। ਇਹਨੂੰ ਕਦੇ ਵੀ ਗਾਹਾਂ ਨੂੰ ਸਾਡੇ ਪਿੰਡ 'ਚ ਨਾ ਵੜੇ, ਬਸ ਅਸੀਂ ਤਾਂ ਇਹ ਤੋਂ ਬਿਨਾਂ ਹੀ ਚੰਗੇ ਆ। ਕਹਿ ਦਈਏ ਵੀ ਗਾਹਾਂ ਨੂੰ ਨਾ ਬੜੇ ਸਹਿਣੇ 'ਚ, ਕਹਿੰਦੇ ਵੀ ਸਾਡੇ ਪਿੰਡ 'ਚ ਨਾ ਵੜੇ ਐਮਐਲਏ। ਹੁਣ ਪਛਤਾਉਣੇ ਹੋ ਵੀ ਜਾਂ ਬਾਦਲਾਂ ਨੂੰ ਹੀ ਵੋਟ ਪਾ ਕੇ ਜਿਤਾ ਦਿੰਦੇ, ਜਾਂ ਚੰਨੀ ਵਰਗਿਆਂ ਨੂੰ ਜਿਤਾ ਦਿੰਦੇ? ਅਸੀਂ ਤਾਂ ਜਮਾ ਪਛਤਾਉਨੇ ਆ। ਸਾਨੂੰ ਤਾਂ ਪਤਾ ਨਹੀਂ ਸੀ ਵੀ ਅਸੀਂ ਤਾਂ ਕਿ ਵੀ ਗਰੀਬ ਘਰ ਦਾ ਪੁੱਤਾ ਚੱਲ ਬਣਾ ਦਿੰਨੇ ਆ। ਇਹਨੂੰ ਤਾਂ ਸਾਰੇ ਨੂੰ ਜਮਾ ਹੀ ਮੱਤ ਨਹੀਂ। ਮਾਨ ਸਾਹਿਬ ਤੁਸੀਂ 5 ਲੱਖ ਦਾ ਐਲਾਨ ਕਰਦੇ ਹੋ, ਦੂਜੇ ਪਾਸੇ ਐਮਐਲਏ ਗਾਲਾਂ ਕੱਢ ਰਹੇ ਨੇ। ਕਿਉਂ ਕਰਕੇ ਹਰੇਕ ਆਦਮੀ ਦੇ ਦੁੱਖ ਸੁੱਖ ਸਰਪੰਚ ਸੁਣਦਾ ਹੈ, ਐਮਐਲਏ ਨਹੀਂ ਸੁਣ ਸਕਦਾ, ਐਮਪੀ ਨਹੀਂ ਸੁਣ ਸਕਦਾ, ਹੋਰ ਕੋਈ ਨਹੀਂ ਸੁਣ ਸਕਦਾ। ਸਰਪੰਚ ਹੈ ਜਿਹੜਾ ਸਾਰੇ ਦੁੱਖ ਤਕਲੀਫ ਸੁਣਦਾ ਹੈਗਾ। ਗੱਲ ਕਰੀਏ ਇਹ ਮੁੱਦਾ ਜਿਹੜਾ ਇਹ ਗਾਲਾਂ ਕੱਢੀਆਂ ਗਈਆਂ ਐਮਐਲਏ ਦੇ ਵੱਲੋਂ, ਤੁਸੀਂ ਲੋਕ ਸਭਾ ਦੇ ਵਿੱਚ ਇਹ ਚੁੱਕੋਗੇ? ਜੇ ਟਾਈਮ ਮਿਲਿਆ ਤਾਂ ਚੱਕਾਂਗੇ, ਪਰ ਇਹ ਮੇਰਾ ਮਤਲਬ ਹੋਰ ਬੜੇ ਮੁੱਦੇ ਹੁੰਦੇ ਆ।
ਇਕੱਲੇ ਸਰਪੰਚ ਨੂੰ ਨਾ ਕਹ ਸਾਰੇ ਪਿੰਡ ਨੂੰ ਕੱਢੀਆਂ ਜਾਂ ਇੱਥੇ ਆਏ ਦਿਨ ਬਾਲੇ ਸਾਡੇ ਨਾਲ ਅੱਜ ਤੇ ਮਰਜ਼ੀ ਆਏ ਹਾਂ ਸਾਰੇ ਐਮਐਲਏ ਲੈਬ ਸ਼ਕਾਬ ਦੇ ਇੰਨੀ ਜ਼ਿਆਦਾ ਪੁਲਿਸ ਬੁਲਾ ਲਈ। ਤੁਹਾਨੂੰ ਪਤਾ ਹੁਣ ਵੀ ਅੱਜ ਗਲਾ ਵੀ ਦੁਖੀ ਜਾਂਦੇ ਆ। ਕੱਲ ਉੱਥੇ ਇੰਨਾ ਰੋਸ ਪ੍ਰਦਰਸ਼ਨ ਹੋਇਆ, ਲੋਕਾਂ ਨੇ ਇੰਨੀ ਭੈੜੀ ਹਾਲਤ ਕੀਤੀ ਵਿਧਾਇਕ ਨਾਲ। ਜਦੋਂ ਉਹਨੇ ਇਹ ਗੱਲ ਕਹੀ ਵੀ ਤੈਨੂੰ ਥੱਪੜ ਮਾਰ ਕੇ ਸੱਤਾ ਦੇ ਨਸ਼ੇ 'ਚ ਕਿਹਾ ਵੀ ਜੇ ਤੈਨੂੰ ਥੱਪੜ ਮਾਰ ਕੇ ਅੰਦਰ ਸਿੱਟਿਆ ਹੁੰਦਾ ਤਾਂ ਤੈਨੂੰ ਪਤਾ ਲੱਗ ਜਾਂਦਾ, ਪਰ ਉਹਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਸੀ। 22,000 ਆਬਾਦੀ ਵਾਲਾ ਇਹ ਕਸਬਾ ਗਾ, ਇੱਥੇ ਮੁਹੱਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਦੀ ਸਾਨੂੰ ਲੋੜ ਨਹੀਂ। ਉਹਦੇ ਪਿਓ ਦੇ ਕਾਤਲ ਨੂੰ ਆਪ ਕਹੇ ਹੋਵੇ ਅੰਦਰ, ਉਹਦਾ ਪਿਓ ਉਹ ਤੋਂ ਮਰਿਆ। ਅਸੀਂ ਕਹਿ ਰਹੇ ਉਹਦੇ ਪਿਓ ਉਹਨੇ ਮਾਰਿਆ ਆਪ। ਕੋਈ ਸਬੂਤ ਹੈ? ਤੁਸੀਂ ਇਹ ਗੱਲ ਬੜੀ ਵੱਡੀ ਕਹਿ ਰਹੇ ਹੋ ਅੱਜ ਇੱਥੇ ਖੜ ਕੇ ਲੋਕਾਂ ਨੇ, ਕਿਉਂਕਿ ਸੋ ਪੰਜਾਬ ਸਰਕਾਰ ਦੇ ਵੱਲੋਂ ਮੁਹੱਲਾ ਕਲੀਨਿਕਾਂ ਦੀ ਗੱਲ ਕਰੀ ਗਈ ਤਾਂ ਮੁਹੱਲਾ ਕਲੀਨਿਕਾਂ ਨੂੰ ਦੇਖਦੇ ਹੋਏ ਪਿੰਡ ਸੈਣਾ ਦੇ ਵਿੱਚ ਕੱਲ ਇੱਕ ਵਿਰੋਧ ਦਾ ਸਾਹਮਣਾ ਕਰਨਾ ਪਿਆ। ਤਾਂ ਅਸੀਂ ਅੱਜ ਪਿੰਡ ਸੈਣਾ ਦੇ ਵਿੱਚ ਖੜੇ ਹਾਂ, ਤੁਸੀਂ ਦੇਖ ਸਕਦੇ ਹੋ ਇੱਥੇ ਪਿੰਡ ਦੇ ਲੋਕ ਵੀ ਇਕੱਠੇ ਹੋ ਰਹੇ ਨੇ। ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹ ਮੁਹੱਲਾ ਕਲੀਨਿਕ ਚਾਹੁੰਦੇ ਨੇ ਜਾਂ ਨਹੀਂ ਚਾਹੁੰਦੇ। ਤਾਂ ਤੁਸੀਂ ਪਹਿਲਾਂ ਇਹ ਤਸਵੀਰਾਂ ਦੇਖੋ, ਇਸ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪੰਚਾਇਤ ਘਰ ਗ੍ਰਾਮ ਪੰਚਾਇਤ ਸੈਣਾ ਸੰਨ 2020 ਦੇ ਵਿੱਚ ਜਿਹੜਾ ਕਿ ਪੰਚਾਇਤ ਘਰ ਬਣਾਇਆ ਗਿਆ ਸੀ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦੇ ਵੱਲੋਂ। ਤਾਂ ਉਸ ਦਾ ਕੱਲ ਭਦੌੜ ਹਲਕੇ ਦੇ ਵਿਧਾਇਕ ਦੇ ਨਾਲ ਵਿਰੋਧ ਸ਼ੁਰੂ ਹੋ ਗਿਆ। ਜਿਹੜਾ ਵਿਰੋਧ ਸੀਗਾ ਉਸ ਵਿਰੋਧ ਦੇ ਵਿੱਚ ਭਦੌੜ ਹਲਕੇ ਦੇ ਵਿਧਾਇਕ ਇਹ ਕਹਿੰਦੇ ਨਜ਼ਰ ਆਏ ਨੇ ਕਿ ਤੇਰੇ ਥੱਪੜੇ ਮਾਰੇ ਜਾਣਗੇ, ਤੈਨੂੰ ਥੱਲੇ ਸੁੱਟਿਆ ਜਾਊਗਾ। ਅਜਿਹੀਆਂ ਗੱਲਾਂ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀਆਂ ਨੇ। ਤਾਂ ਅਸੀਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਜਿਵੇਂ ਇੰਡੋਜ਼ ਟੀਵੀ ਤੇ ਅਸੀਂ ਤੁਹਾਨੂੰ ਇੱਕ ਇੰਟਰਵਿਊ ਸੁਖਵਿੰਦਰ ਸਿੰਘ ਕਲਕੱਤਾ ਦੀ ਦਿਖਾਈ ਆ, ਤਾਂ ਉਸ ਇੰਟਰਵਿਊ ਦੇ ਚੱਲਦਿਆਂ ਹੀ ਅਸੀਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕਰੀ, ਪਰ ਵਿਧਾਇਕ ਦਾ ਜਿਹੜਾ ਫੋਨ ਸੀ ਉਹਨਾਂ ਦੇ ਵੱਲੋਂ ਚੁੱਕਿਆ ਨਹੀਂ ਗਿਆ, ਬਿਜੀ ਕਰ ਦਿੱਤਾ ਗਿਆ। ਤਾਂ ਅਜਿਹੀਆਂ ਜਿਹੜੀਆਂ ਕਿ ਅਸੀਂ ਗੱਲਾਂ ਬਾਤਾਂ ਅੱਜ ਇੱਥੋਂ ਦੇ ਲੋਕਾਂ ਦੇ ਨਾਲ ਕਰਾਂਗੇ। ਜਿਹੜੇ ਪਿੰਡ ਦੇ ਵਿੱਚੋਂ 4200 ਵੋਟ ਲਾਭ ਸਿੰਘ ਉਗੋਕੇ ਨੂੰ ਪਈ ਹੋਵੇ ਤਾਂ ਉਸ ਪਿੰਡ ਦੇ ਸਰਪੰਚ ਦੇ ਨਾਲ ਅਜਿਹੀ ਵਧੀਕੀ ਆਖਰ ਹੋਈ ਕਿਵੇਂ? ਤਾਂ ਅਸੀਂ ਗੱਲਬਾਤ ਕਰਦੇ ਹਾਂ, ਅੰਦਰ ਚੱਲਦੇ ਹਾਂ ਇਸ ਪੰਚਾਇਤ ਘਰ ਦੇ ਵਿੱਚ। ਬਈ ਬਹੁਤ ਬਹੁਤ ਸਵਾਗਤ ਆ ਪਹਿਲਾਂ ਤੁਹਾਡਾ। ਅਸੀਂ ਤੁਹਾਡੇ ਪਿੰਡ ਦੇ ਵਿੱਚ ਪਹੁੰਚੇ ਹਾਂ। ਜਿਹੜੀ ਕੱਲ ਵਧੀਕੀ ਹੋਈ ਆ ਉਸ ਦਾ ਕੀ ਕਾਰਨ ਸੀ, ਕਿਉਂ ਹੋਈ ਆ ਉਹ ਵਧੀਕੀ? ਜੀ ਬਹੁਤ ਜ਼ਿਆਦਾ ਬਹੁਤ ਗਲਤ ਕਰਿਆ ਜੀ ਉਹਨਾਂ ਨੇ। ਜੇ ਉਹ ਸਮੇਂ ਨੂੰ ਦੇਖਦੇ ਹੋਏ ਉਹ ਗੱਲ ਨੂੰ ਟਾਲ ਸਕਦੇ ਸੀਗੇ ਜੀ। ਉਹਨਾਂ ਨੇ ਬਹੁਤ ਗਲਤ ਕਰਿਆ। ਸਰਪੰਚ ਸਾਹਿਬ ਦੇ ਨਾਲ ਸਾਰਾ ਪਿੰਡ ਆ ਜੀ ਖੜਾ, ਤੇ ਉਹਨਾਂ ਦੀ ਬਹੁਤ ਵੱਡੀ ਇਹ ਚੀਜ਼ ਤੇ ਗਲਤੀ ਆ, ਨਲਾਇਕੀ ਆ। ਜੇ ਐਮਐਲਏ ਆਮ ਲੋਕਾਂ ਨੇ ਚੁਣ ਕੇ ਇਹੋ ਜਿਹਾ ਕੁਝ ਕਰਨਗੇ ਤਾਂ ਲੋਕ ਕਿੱਥੇ ਜਾ ਕੇ ਆਪਣੀ ਸੁਣਵਾਈ ਕਰਨਗੇ? ਬਸ ਮੈਂ ਤਾਂ ਇੰਨਾ ਕਹਿੰਦਾ ਹੋਇਆ ਜੀ। ਬਈ ਜੀ ਮੁਹੱਲਾ ਕਲੀਨਿਕ ਚਾਹੁੰਦੇ ਹੋ ਕਿਉਂਕਿ ਪਿੰਡ ਦਾ ਸਰਪੰਚ ਵੀ ਲੋਕਾਂ ਦੇ ਵੱਲੋਂ ਚੁਣਿਆ ਗਿਆ ਤੇ ਵਿਧਾਇਕ ਵੀ ਲੋਕਾਂ ਦੇ ਵੱਲੋਂ ਚੁਣਿਆ ਗਿਆ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ, ਤਾਂ ਫਿਰ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਕਿਉਂ ਭੱਜੇ ਲਾਭ ਸਿੰਘ ਉਗੋਕੇ? ਤਾਂ ਅਸੀਂ ਇੱਥੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਜੀ ਮੁਹੱਲਾ ਕਲੀਨਿਕ ਚਾਹੁੰਦੇ ਹੋ ਪਿੰਡ ਦੇ ਵਿੱਚ? ਨਹੀਂ ਚਾਹੁੰਦੇ ਜੀ। ਵਾਹਿ ਖਾਲਸਾ ਵਾਹਿ ਫਤਿਹ। ਇਹ ਗੱਲ ਸਾਰੇ ਲੋਕ ਚਾਹੁੰਦੇ ਨੇ। ਸਾਡੇ ਹਸਪਤਾਲ ਸੀਗੇ ਬਣਿਆ ਵੱਡਾ, ਹਸਪਤਾਲ ਚੱਕ ਕੇ ਸਰਪੰਚ ਸਾਹਿਬ ਕਹਿੰਦੇ ਸੀ ਇੱਥੇ ਸਾਤੋਂ ਜਗ੍ਹਾ ਲੈ ਲਓ, ਬਣੇ ਵੀ ਕਮਰੇ ਇੱਥੇ ਬਣਾ ਲਓ। ਉਹ ਤਾਂ ਇੱਕ ਜਿੱਦਬਾਜ਼ੀ ਵਾਲੀ ਗੱਲ ਆ ਜੀ। ਗਲਤ ਸਾਡਾ ਤਾਂ ਹਸਪਤਾਲ ਬਣਿਆ ਵਾ, ਹਸਪਤਾਲ ਚੱਕਦੇ ਆ, ਲਾਉਣ ਬਣਾਉਂਦੇ ਆ। ਅਸੀਂ ਤਾਂ ਮੰਨਦੇ ਨਹੀਂ ਇਹ ਗੱਲ ਨੂੰ। ਅਸੀਂ ਤਾਂ ਕਹਿੰਦੇ ਸਾਡੀ ਚਾਹੀਦੀ ਨਹੀਂ ਇਹ ਹਸਪਤਾਲ ਹੈਗਾ ਸਾਡੇ ਕੀ ਲੋੜ ਹੈ? ਜਿਹੜੇ ਥੱਪੜੇ ਮਾਰਨ ਦੀ ਗੱਲ ਕਰੀ ਲਾਭ ਸਿੰਘ ਉਗੋਕੇ ਦੇ ਵੱਲੋਂ, ਬਹੁਤ ਗਲਤ ਗੱਲ ਕਰੀ। ਸਾਰੇ ਪਿੰਡ ਨੂੰ ਕਿਹਾ ਜੀ ਕਿ ਸਰਪੰਚ ਥੋੜ੍ਹਾ ਕਿਹਾ ਚੁਣਿਆ ਵਾ, ਤਾਂ ਸਰਪੰਚ ਪਿੰਡ ਦਾ ਹੀ ਆ ਨਾ। ਚੁਣੇ ਬੰਦੇ ਨੂੰ ਕਹਿਣਾ, ਸਰਪੰਚ ਨੂੰ ਕਹਿਣਾ, ਤਾਂ ਸਾਨੂੰ ਕਿਹਾ, ਤਾਂ ਸਾਰੇ ਪਿੰਡ ਨੂੰ ਕਿਹਾ ਜੀ। ਹਾਂ ਗਲਤ ਕਿਹਾ ਸਾਨੂੰ, ਬਹੁਤ ਗਲਤ ਕਰਿਆ ਜੀ। ਹਾਂਜੀ ਉਹ ਕੱਲਾ ਸਰਪੰਚ ਦੇ ਥੱਪੜ ਨਹੀਂ ਵੱਜਿਆ ਜੀ ਵੀਰ ਜੀ, ਉਹ ਸਾਰੇ ਪਿੰਡ ਦੇ ਵੱਜ ਗਿਆ। ਬਾਕੀ ਉਹ ਜਿੱਥੇ ਉਹਨਾਂ ਨੇ ਮੁਹੱਲਾ ਕਲੀਨਿਕ ਬਣਾਇਆ, ਉਹ ਜਿਹੜੀ ਬਿਲਡਿੰਗ ਆ ਉਹ ਅੰਗਰੇਜ਼ਾਂ ਦੇ ਟਾਈਮ ਦੀ ਬਣੀ ਹੋਈ ਆ। ਉਹਦੇ ਤੇ 2 ਪੀਪੀਆਂ ਰੰਗ ਦੀਆਂ ਕਰਕੇ ਤੇ 2000 ਲੋਕੇਟ ਲਾ ਕੇ ਉਸੇ ਨੂੰ ਦੁਬਾਰੇ ਇਹਨਾਂ ਨੇ ਤਿਆਰ ਕੀਤਾ। ਜਦ ਕਿ ਸਰਪੰਚ ਸਾਹਿਬ ਨੇ ਇਹ ਗੱਲ ਆਖੀ ਸੀ ਵੀ ਤੁਸੀਂ ਬਣਾਉਣਾ ਜੀ ਸਦਕੇ ਬਣਾਓ, ਕੋਈ ਇਤਰਾਜ਼ ਨਹੀਂ ਸਾਨੂੰ, ਤੁਹਾਨੂੰ ਜਗ੍ਹਾ ਦੇ ਦਿੰਦੇ ਆ। ਜੇ ਤੁਸੀਂ ਤੁਹਾਡੇ ਕੋਲੇ ਬਣਾਉਣ ਨੂੰ ਪੈਸੇ ਨਹੀਂ ਹੈਗੇ, ਅਸੀਂ ਤੁਹਾਨੂੰ ਬਣੀ ਬਣਾਈ ਬਿਲਡਿੰਗ ਦੇ ਦਿੰਦੇ ਆ। ਤੇ ਇਹਦੇ ਉੱਪਰ ਹੋਰ ਉਹਨਾਂ ਨੂੰ ਕੀ ਚਾਹੀਦਾ ਸੀ? ਜਦ ਕਿ ਸਰਪੰਚ ਸਾਹਿਬ ਨੇ ਇਹ ਕਹਿਤਾ ਸੀ 1 ਤੋਲਾ ਗੋਲਡ ਦੇ ਨਾਲ ਸਨਮਾਨਿਤ ਕਰਾਂਗੇ ਅਸੀਂ ਐਮਐਲਏ ਸਾਹਿਬ ਨੂੰ। ਹੋਰ ਇਹਦੇ ਉੱਪਰ ਦੀ ਉਹਨਾਂ ਨੂੰ ਕੀ ਚਾਹੀਦਾ ਸੀ? ਉਹ ਤਾਂ ਇੱਕ ਗੁੰਡਾਗਰਦੀ ਵਾਲਾ ਕੰਮ ਹੈ ਜੀ ਜਿਹੜਾ ਉਹ ਕਰਕੇ ਗਏ ਨੇ ਪਹਿਲੀਆਂ ਸਰਕਾਰਾਂ ਵਾਂਗੂ ਜਮਾ ਜੀ। ਇਹ ਤਾਂ ਪਹਿਲੀਆਂ ਦਾ ਵੀ ਰਿਕਾਰਡ ਤੋੜਤਾ, ਪਹਿਲੀਆਂ ਦੇ ਵੀ ਰਿਕਾਰਡ ਤੋੜਤਾ। ਆ ਪੱਖੋਂ ਇਹ ਕਹਿੰਦਾ ਜੀ ਇੱਥੇ ਫ੍ਰੀ ਟੈਸਟ ਹੋਇਆ ਕਰਨਗੇ। ਇਹਦੇ ਪਿੰਡ ਮੁਹੱਲਾ ਕਲੀਨਿਕ ਬਣਿਆ, ਜਾ ਕੇ ਪਹਿਲਾਂ ਉੱਥੇ ਦੇਖੋ ਵੀ ਉਹ ਕਿੰਨੇ ਕੁ ਟੈਸਟ ਹੁੰਦੇ ਆ। ਉੱਥੇ ਜਿੰਦਾ ਲੱਗਿਆ ਪਿਆ। ਪੱਖੋ ਪਿੰਡ ਆ ਜੀ, ਉੱਥੇ ਜਿੰਦਾ ਲੱਗ ਗਿਆ। ਤੇ ਇੱਥੋਂ ਜਦੋਂ ਇਹਨੇ ਮੁਹੱਲਾ ਕਲੀਨਿਕ ਬਣਾਇਆ, ਉੱਥੇ ਸਾਡੇ ਪਿੰਡੋਂ ਡਾਕਟਰ ਚਲਾ ਗਿਆ। ਜਿਹੜਾ ਮਾੜਾ ਮੋਟਾ ਇੱਥੇ ਗਰੀਬ ਜਨਤਾ ਨੂੰ ਸਹੂਲਤ ਮਿਲਦੀ ਸੀ ਉਹ ਵੀ ਗਈ। ਜੇ ਹੁਣ ਇਹ ਲੋਕ ਦੁਨੀਆ ਉੱਪਰ ਨੂੰ ਜਾ ਰਹੀ ਹੈ, ਸਾਡੇ ਪਿੰਡ ਨੂੰ ਥੱਲੇ ਨੂੰ ਲੈ ਕੇ ਜਾ ਰਹੇ ਆ। ਇਹ 100 ਬਿਸਤਰੇ ਦਾ ਪਾਸ ਹੋਇਆ ਵਾ
ਹਸਪੀਟਲ ਆ ਜੀ ਤੇ ਬਣ ਰਿਹਾ ਮੁਹੱਲਾ ਕਲੀਨਿਕ। 18000 ਵੋਟ ਦਾ ਇਹ ਪਿੰਡ ਆ। ਬਿਲਕੁਲ ਹੈ ਜੀ, 18000 ਵੋਟ ਪਿੰਡ ਮੁਹੱਲਾ ਕਲੀਨਿਕ, ਤਾਂ ਫਿਰ ਪਿੰਡ ਕਿਹੜਾ ਰਹਿ ਜਾਊਗਾ? ਤੁਸੀਂ ਜਦੋਂ ਇਹਨਾਂ ਨੂੰ ਜਿਤਾਇਆ ਇਹ ਕਹਿੰਦੇ ਸੀ ਕਿ ਅਸੀਂ ਇੱਥੇ ਬੈਠੇ ਰਿਹਾ ਕਰਾਂਗੇ, ਸੈਣੇ ਦੇ ਵਿੱਚੋਂ ਜਾਇਆ ਨਹੀਂ ਕਰਨਾ, ਲੋਕ ਆਖਣਗੇ ਵੀ ਇੱਥੋਂ ਤੁਰ ਜਾਓ। ਬਾਈ ਜੀ ਸਾਥੋਂ ਗਲਤੀ ਇੱਕ ਬਹੁਤ ਬੜੀ ਇਹ ਹੋ ਚੁੱਕੀ ਆ, ਜਿਹਦਾ ਅਸੀਂ ਅੱਜ ਖਮਿਆਜਾ ਭੁਗਤ ਰਹੇ ਹਾਂ ਕਿ ਅਸੀਂ ਵਿਰੋਧੀ ਧਿਰ ਹੀ ਨਹੀਂ ਰੱਖੀ। ਅਸੀਂ 92 ਦੀਆਂ 92 ਸੀਟਾਂ ਇਹਨਾਂ ਨੂੰ ਦੇ ਬੈਠੇ, ਜਦ ਕਿ ਵਿਰੋਧੀ ਧਿਰ ਹੁੰਦੀ ਤਾਂ ਅੱਜ ਇਹ ਇਹਨਾਂ ਗੱਲਾਂ ਤੇ ਨਾ ਉਤਰਦੇ, ਕਿਉਂਕਿ ਹੁਣ ਕੋਈ ਬੋਲਣ ਵਾਲਾ ਹੈ ਹੀ ਨਹੀਂ। ਇਹ ਮਨਾਹੀਆਂ ਕਰ ਰਹੇ ਆ, ਜਿੱਦਾਂ ਇਹਨਾਂ ਦੇ ਦਿਲ ਕਰਦਾ ਉਦਾਂ ਹੀ ਇਹ ਕਰਦੇ ਆ। ਬਿਲਕੁਲ ਬਈ, ਕੀ ਲੱਗਦਾ ਇਹੀ ਸੀ ਦਿੱਲੀ ਮਾਡਲ ਜਿਹੜਾ ਪਿੰਡ ਦੇ ਸਰਪੰਚ ਨੂੰ ਕਿਹਾ ਗਿਆ ਕਿ ਅਸੀਂ ਥੱਪੜ ਮਾਰ ਦਿਆਂਗੇ? ਇਹ ਬਹੁਤ ਗਲਤ ਮੰਦਭਾਗੀ ਇਹਨਾਂ ਦੀ ਉਹ ਆ ਜਿਹੜੀ ਬੋਲਿਆ, ਬਹੁਤ ਗਲਤ ਬੋਲਿਆ। ਇਹ ਸਾਰੇ ਪਿੰਡ ਦੇ ਮੂੰਹ ਤੇ ਚਪੇੜ ਮਾਰਨ ਵਾਲਾ ਕੰਮ ਕੀਤਾ ਇਹਨਾਂ ਨੇ, ਤੇ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਕੀਤਾ ਸੀਗਾ, ਵੋਟਾਂ ਪਾਈਆਂ ਸੀਗੀਆਂ। ਤੇ ਜਿਹੜਾ ਦਿੱਲੀ ਮਾਡਲ ਤਾਂ ਬਹੁਤ ਦੂਰ ਦੀ ਗੱਲ ਆ। ਇਹਨੂੰ ਨੇ ਪੰਜਾਬ ਦਾ ਮਾਡਲ ਵੀ ਨਹੀਂ ਰਹਿਣ ਦਿੱਤਾ। ਇਹ ਜਿਹੜਾ ਪਹਿਲਾਂ ਸਰਕਾਰਾਂ ਨੇ ਜਿਵੇਂ ਬਣਿਆ ਆ ਰਿਹਾ ਸੀਗਾ, ਬਹੁਤ ਸਾਲਾਂ ਤੋਂ ਸਾਡੇ ਸਰਕਾਰੀ ਹਸਪਤਾਲ ਬਣਿਆ ਹੋਇਆ ਸੀਗਾ, ਉਹਨੂੰ ਮੁਹੱਲਾ ਕਲੀਨਿਕ ਦੇ ਵਿੱਚ ਬਦਲ ਦਿੱਤਾ ਗਿਆ। ਇਹ ਹਾਂਜੀ ਅਸੀਂ ਤਾਂ ਇਹਨੂੰ ਚਾਹੁੰਦੇ ਨਹੀਂ ਵੀ ਸਾਡੇ ਬਣੇ, ਸਾਨੂੰ ਲੋੜ ਨਹੀਂ, ਸਾਡੇ ਹਸਪਤਾਲ ਹੈਗਾ। ਬਿਲਕੁਲ, ਤਾਂ ਪਿੰਡ ਦੇ ਲੋਕ ਹੀ ਨਹੀਂ ਚਾਹੁੰਦੇ ਕਿ ਸਾਡੇ ਮੁਹੱਲਾ ਕਲੀਨਿਕ ਬਣੇ, ਤਾਂ ਫਿਰ ਕੀ ਇਹ ਥੋਪਿਆ ਜਾ ਰਿਹਾ ਮੁਹੱਲਾ ਕਲੀਨਿਕ ਇਹਨਾਂ ਪਿੰਡ ਵਾਸੀਆਂ ਦੇ ਉੱਪਰ? ਤਾਂ ਇਹ ਵੀ ਇੱਕ ਗੱਲਬਾਤ ਕਰਾਂਗੇ। ਜਿਹੜੇ ਮੁਹੱਲਾ ਕਲੀਨਿਕਾਂ ਦਾ ਰੌਲਾ ਪਾਇਆ ਜਾ ਰਿਹਾ, ਅਸੀਂ ਇਕੱਲੇ ਪਿੰਡ ਦੇ ਵਿੱਚ ਜਾਵਾਂਗੇ। ਜਿਹੜੇ ਪਿੰਡਾਂ ਦੇ ਵਿੱਚ ਪਹਿਲਾਂ ਡਿਸਪੈਂਸਰੀਆਂ ਬਣੀਆਂ ਹੋਈਆਂ ਜਾਂ ਜਿਹੜੇ ਪਿੰਡਾਂ ਦੇ ਵਿੱਚ ਪਹਿਲਾਂ ਸੇਵਾ ਕੇਂਦਰ ਬਣੇ ਹੋਏ ਨੇ, ਉਹਨਾਂ ਸੇਵਾ ਕੇਂਦਰਾਂ ਦੇ ਉੱਪਰ ਕਈ ਥਾਵਾਂ ਤੇ ਰੰਗ ਮਾਰਦੇ ਹੋਏ ਅਸੀਂ ਤੁਹਾਨੂੰ ਪਹਿਲਾਂ ਵੀ ਤਸਵੀਰਾਂ ਦਿਖਾ ਦਿੱਤੀਆਂ ਨੇ। ਡਿਸਪੈਂਸਰੀਆਂ ਦੇ ਉੱਪਰ ਵੱਡੇ ਵੱਡੇ ਪੋਸਟਰ ਲਗਾਉਂਦੇ ਅਸੀਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਹਾਂ। ਤਾਂ ਇੱਥੇ ਲੋਕ ਨੇ ਜਿਹੜੇ ਉਹ ਸਾਡੇ ਨਾਲ ਜੁੜੇ ਹੋਏ ਨੇ। ਆਹੀ ਪਿੰਡ ਆ ਬਈ? ਹਾਂ ਜੀ, ਸਣੀ ਕੱਲ ਸਰਪੰਚ ਦੇ ਨਾਲ ਜਿਹੜੀ ਕਿ ਵਧੀਕੀ ਹੋਈ ਆ, ਆਪਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੈਗਾ, ਐਡਾ ਰੌਲਾ ਪੈ ਗਿਆ, ਪੂਰਾ ਪੰਜਾਬ ਚੱਲ ਗਿਆ ਵਾ ਜੀ, ਲਾਮ ਗਿਆ ਜੀ ਕੱਲ ਮੈਂ ਜੀ। ਅੱਜ ਫਿਰ ਕਿਹਦੇ ਹੱਕ ਚ ਆਏ ਹੋ ਇੱਥੇ? ਤੁਹਾਨੂੰ ਪਤਾ ਬਾਈ ਵਾਂਗੂ ਕਿਤੇ ਇਹ ਨਾ ਹੋਵੇ ਵੀ ਪਤਾ ਹੀ ਨਹੀਂ ਹੈਗਾ? ਪਤਾ ਹੈਗਾ। ਹਸਪੀਟਲ ਸਾਡੇ 2 ਆ, ਇੱਕ ਹੈਗਾ ਗਾ ਉਧਰ ਆਪਣਾ ਨਹਿਰ ਵਾਲੇ ਉਹ ਪੁਲ ਤੇ ਇੱਧਰ ਅੱਡੇ ਦੇ ਉੱਤੇ ਆ, ਇੱਕ ਇੱਧਰ ਹੈਗਾ। ਤੇ ਜਾਣੇ ਦੀ ਮੁਹੱਲਾ ਕਲੀਨਿਕ ਸਰਪੰਚ ਸਾਹਿਬ ਕਹਿੰਦੇ ਵੀ ਇੱਥੇ ਬਣਾ ਲਓ, ਵੀ ਉੱਥੇ ਸਾਨੂੰ ਵੱਡਾ ਡਾਕਟਰ ਦੇ ਦਿਓ, ਵੀ ਜਾਣੇ ਦੀ 28 ਬਿਸਤਰਿਆਂ ਦਾ ਹਸਪੀਟਲ ਬਣਾਓ। ਮੁਹੱਲਾ ਕਲੀਨਿਕ ਬਣਾਉਣੀ ਇੱਥੇ ਬਣਾਓ, ਨਹੀਂ ਪਿੰਡਾਂ ਦੇ ਵਿੱਚ ਬਣਾਓ। ਜਿਵੇਂ ਇਹਦਾ ਪਿੰਡ ਆ ਛੋਟਾ ਜਿਹਾ, ਛੋਟੇ ਪਿੰਡ ਆ, 20,000 ਦੇ ਲਗਭਗ ਵੋਟ ਆ ਇੱਥੇ, ਤੇ ਵੀ ਸਾਨੂੰ ਵੱਡਾ ਡਾਕਟਰ ਚਾਹੀਏ। ਇਹਨਾਂ ਨੇ ਮੁਹੱਲਾ ਕਲੀਨਿਕ ਬਣਾਉਣੀ ਸੀ ਤਾਂ ਇੱਥੇ ਬਣਾ ਲੈਂਦੇ। ਸਰਪੰਚ ਨੂੰ ਬਹੁਤ ਗਲਤ ਬੋਲਿਆ ਇਹ ਬਹੁਤ ਮਾੜੀ ਗੱਲ ਆ ਉਹਦੀ। ਬਿਲਕੁਲ, ਤਾਂ ਇਹ ਵੀ ਇੱਥੇ ਦੱਸਿਆ ਜਾ ਰਿਹਾ ਕਿ ਕੱਲ ਪਿੰਡ ਦੇ ਬੰਦਿਆਂ ਨੂੰ ਫੋਰਸ ਲਗਾਈ ਗਈ ਹੈਗੀ, ਇੱਥੇ ਕਮਾਂਡੋ ਮੰਗਾਈ ਗਿਆ, ਅਜਿਹਾ ਕੁਝ ਹੋਇਆ ਇੱਥੇ? ਬਾਈ ਜੀ, ਇਹ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਇੱਕ ਐਮਐਲਏ ਆਵੇ ਉਦਘਾਟਨ ਕਰਨ ਵਾਸਤੇ ਔਰ ਬਾਹਰ ਧਰਨਾ ਲੱਗਿਆ ਹੋਇਆ, ਔਰ ਉਹਨਾਂ ਬੰਦਿਆਂ ਨੇ ਜਦੋਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਰੋਕਿਆ ਗਿਆ, ਗੇਟ ਲਾ ਦਿੱਤਾ ਗਿਆ। ਤੇ ਫਿਰ ਉਹਦਾ ਉਦਘਾਟਨ ਕਰਨ ਦਾ ਕਿਹਨੂੰ ਦਿਖਾਉਣ ਆਇਆ ਸੀ ਉਦਘਾਟਨ ਕਰਕੇ? ਉਹ ਇਕੱਲਾ ਹੀ ਕਰਕੇ ਗਿਆ ਔਰ ਆਪਦੇ ਪ੍ਰਸ਼ਾਸਨ ਦੇ ਜ਼ੋਰ ਨਾਲ ਕਰਕੇ ਗਿਆ। ਜੇ ਆਪਾਂ ਕਹਿ ਦਈਏ ਵੀ ਉਹ ਜਨਤਾ ਦੇ ਵਿੱਚ ਆ ਕੇ ਉਦਘਾਟਨ ਕਰਕੇ ਗਿਆ, ਉਹ ਇਹਨੂੰ ਉਦਘਾਟਨ ਨਹੀਂ ਅਸੀਂ ਮੰਨਦੇ। ਜਿਹੜਾ ਪ੍ਰਸ਼ਾਸਨ ਦੀ ਤੁਸੀਂ ਗੱਲ ਕਰੀ ਆ, ਸੈਣੇ ਦੇ ਪੁਲਿਸ ਵਾਲੇ ਸੀਗੇ ਨਾਲ? ਸੈਣੇ ਦੇ ਵੀ ਸੀਗੇ, ਬਾਹਰ ਦੀ ਵੀ ਆਈ, ਬਰਨਾਲੇ ਤੋਂ ਵੀ ਸੀਗੇ ਜੀ ਪੁਲਿਸ ਵਾਲੇ, ਤਾਂ ਮੁਲਾਜ਼ਮ ਆਏ ਹੋਏ ਸੀਗੇ, ਤਹਿਸੀਲਦਾਰ ਸੀ, ਐਸਡੀਐਮ ਸੀ, ਆਪਣਾ ਸਿਵਲ ਸਰਜਨ ਸੀਗਾ ਜੀ। ਬਿਲਕੁਲ, ਤਾਂ ਅਸੀਂ ਇੱਥੇ ਸਿਕਿਉਰਿਟੀ ਵੀ ਆਈ ਹੋਈ ਆ, ਪੁਲਿਸ ਪ੍ਰਸ਼ਾਸਨ ਵੀ ਆਇਆ ਹੋਇਆ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸੈਣੇ ਦਾ ਜਿਹੜਾ ਐਸਐਚਓ ਆ ਉਹ ਵੀ ਇੱਥੇ ਆਇਆ ਹੋਇਆ ਮੌਜੂਦ ਆ, ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਾਂਗੇ, ਗੱਲਬਾਤ ਕਰਾਂਗੇ। ਇਸੇ ਤਹਿਤ ਹੀ ਅਸੀਂ ਅੱਜ ਜਿਹੜੀ ਪੂਰੀ ਜਿਹੜੀ ਤਸਵੀਰ ਆ ਇਹ ਪਿੰਡ ਦੇ ਲੋਕਾਂ ਦੀ ਦਿਖਾ ਰਹੇ ਹਾਂ। ਕੁਲਦੀਪ ਇੱਧਰਲੇ ਪਾਸੇ ਨੂੰ ਕੈਮਰਾ ਦਿਖਾ ਦੇ ਉਰੇ ਖੜ ਕੇ, ਕਿਉਂਕਿ ਸਾਰੇ ਲੋਕ ਖੜੇ ਨੇ। ਇਹ ਸਾਰੇ ਲੋਕ ਪਿੰਡ ਸੈਣੇ ਦੇ ਨੇ, ਜਿਹੜੇ ਪਿੰਡ ਦੇ ਵਿੱਚੋਂ ਜਿਤਾਇਆ ਗਿਆ ਹੋਵੇ, ਜਿਹੜੇ ਪਿੰਡ ਦੇ ਵਿੱਚੋਂ 4200 ਤੋਂ ਵੱਧ ਵੋਟ ਲਾਭ ਸਿੰਘ ਉਗੋਕੇ ਨੂੰ ਪਈ ਹੋਵੇ, ਤਾਂ ਉਸੇ ਪਿੰਡ ਦੇ ਸਰਪੰਚ ਨੂੰ ਅਜਿਹੀ ਗੱਲ ਕਹੀ ਗਈ ਕਿ ਅਸੀਂ ਤੇਰੇ ਥੱਪੜ ਮਾਰਾਂਗੇ, ਅਸੀਂ ਤੈਨੂੰ ਅੰਦਰ ਸੁੱਟ ਲਾਂਗੇ, ਅਜਿਹੀਆਂ ਗੱਲਾਂ ਕਹੀਆਂ ਗਈਆਂ। ਬਾਬਾ ਕੱਲ ਬਹੁਤ ਵਧੀਕੀ ਹੋਈ ਆ ਪਿੰਡ ਨਾਲ, ਪਤਾ ਨਹੀਂ ਤੁਹਾਨੂੰ? ਖੇਤ ਕਿਹੜਾ ਇੰਗਲੈਂਡ 'ਚ ਹੋਣਾ, ਇੱਥੇ ਹੀ ਖੇਤ ਆ ਪਿੰਡ ਦੇ ਵਿੱਚ। ਪਤਾ ਤਾਂ ਹੋਊ ਮਾੜਾ ਮੋਟਾ ਵੀ ਕੀ ਗੱਲਬਾਤ ਹੋਈ ਆ, ਪਤਾ ਨਹੀਂ ਬਈ ਤੁਹਾਨੂੰ ਪਤਾ ਕੁਛ? ਹਾਂਜੀ, ਬਹੁਤ ਮੰਦਭਾਗੀ ਗੱਲ ਹੈ ਜੀ ਇਹ, ਜਿਹੜੀ ਸਰਪੰਚ ਨੂੰ ਥੱਪੜ ਮਾਰਨ ਵਾਲੀ ਗੱਲ ਕਹੀ ਗਈ ਉਹਨਾਂ ਦੇ ਵਾਸਤੇ। ਤੇ ਗਲਤ ਆ ਜੀ ਪਿੰਡ ਲਾਭ ਸਿੰਘ ਉਗੋਕੇ ਵਾਸਤੇ ਜੀ। ਤੇ ਉਹ ਹਸਪੀਟਲ ਤਾਂ ਮਸਾ ਹਸਪੀਟਲ ਮਿਲਿਆ ਹੋਇਆ ਜੀ, ਉਸ ਨੂੰ ਕਿੱਥੇ ਅਪਗ੍ਰੇਡ ਕਰਕੇ ਵੱਡਾ ਕਰਨਾ ਚਾਹੀਦਾ ਸੀਗਾ ਜੀ। ਉਹਨੂੰ ਨੀਚੇ ਲੈ ਕੇ ਆ ਰਿਹਾ, ਥੱਲੇ ਆ ਗਿਆ। ਉੱਥੇ ਇਹ ਵੀ ਕਿਹਾ ਗਿਆ ਵੀ ਉਹਨਾਂ ਨੂੰ ਜਗ੍ਹਾ ਪਾਸੇ ਤੇ ਜਗ੍ਹਾ ਦੇ ਦਿੰਦੇ ਹੈਗੇ, ਵੀ ਕਿਤੇ ਵੀ ਬਣਾ ਲਓ ਪਾਸੇ ਤੇ ਜਗ੍ਹਾ, ਜੇ ਨਹੀਂ ਤੁਹਾਡੇ ਕੋਲ ਇਹ ਜਗ੍ਹਾ ਪਈ ਹੋਈ ਬਿਲਡਿੰਗ ਵੀ ਦੇ ਦਿੰਦੇ ਹੈਗੇ। ਇਸ ਕਰਕੇ ਉਹਨੂੰ ਤੇ ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਪਹਿਲਾਂ ਕਿਹਾ ਜੀ ਵੀ 17 ਬਿਸਤਰੇ ਦਾ ਹਸਪਤਾਲ ਦੇਵਾਂਗੇ, ਤੇ ਇਸ ਗੱਲ ਤੇ ਉਹ ਗਰਮ ਹੋ ਗਿਆ ਵੀ ਉਦੋਂ ਥੱਪੜ ਮਾਰ ਕੇ ਉਹਨੂੰ ਅੰਦਰ ਛੱਡ ਦਿਆਂਗੇ।
ਤੇ ਬਹੁਤ ਗਲਤ ਗੱਲ ਹੈ ਜੀ ਇਹ। ਬਿਲਕੁਲ, ਤਾਂ ਹਰ ਕੋਈ ਇਹੀ ਕਹਿ ਰਿਹਾ ਕਿ ਬਹੁਤ ਗਲਤ ਗੱਲ ਹੈ। ਇੱਥੇ ਅਸੀਂ ਨੌਜਵਾਨਾਂ ਦੇ ਨਾਲ ਵੀ ਗੱਲ ਕਰਾਂਗੇ, ਇੱਥੇ ਬਜ਼ੁਰਗਾਂ ਦੇ ਨਾਲ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ ਪੰਚਾਇਤ ਘਰ ਦੀ। ਜਿਹੜੇ ਪੰਚਾਇਤ ਘਰ ਦੇ ਉੱਪਰ ਜਦੋਂ ਅਸੀਂ ਸੁਖਵਿੰਦਰ ਸਿੰਘ ਕਲਕੱਤੇ ਦੇ ਨਾਲ ਗੱਲ ਕਰੀ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਪਿੰਡ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਇਸ ਪੰਚਾਇਤ ਘਰ ਦੇ ਉੱਪਰ ਲਗਾਏ ਨੇ। ਸਰਕਾਰ ਦੇ ਵੱਲੋਂ ਜੋ ਫੰਡ ਆਇਆ ਸੀ ਪਹਿਲੀਆਂ ਸਰਕਾਰਾਂ ਦੇ ਵੱਲੋਂ, ਉਹ ਫੰਡ ਵੱਖਰਾ ਸੀ, ਪਰ ਅਸੀਂ ਪਿੰਡ ਦੇ ਵਿੱਚੋਂ ਵੀ ਪੈਸੇ ਇਕੱਠੇ ਕਰਕੇ ਇਸ ਨੂੰ ਇੱਕ ਪੰਚਾਇਤ ਘਰ ਦਾ ਰੂਪ ਦਿੱਤਾ। ਬਾਈ ਨੌਜਵਾਨ ਨੂੰ ਕੱਲ ਜਿਹੜੀ ਘਟਨਾ ਵਾਪਰੀ ਤੁਹਾਡੇ ਪਿੰਡ ਦੇ ਵਿੱਚ, ਉਸ ਬਾਰੇ ਜਾਣੂ? ਹਾਂਜੀ ਜਾਣੂਗਾ। ਕੀ ਲੱਗਦਾਗਾ ਪਿੰਡ ਦੇ ਲੋਕਾਂ ਨੇ ਇੰਨਾ ਮਾਣ ਸਨਮਾਨ ਦਿੱਤਾ ਤੇ ਉਹਨਾਂ ਨੇ ਤੁਹਾਨੂੰ ਮਾਣ ਸਨਮਾਨ ਦਾ ਜਵਾਬ ਦਿੱਤਾ ਐਮਐਲਏ ਨੇ? ਨਹੀਂ ਜੀ, ਅਸੀਂ ਮਤਾ ਹੀ ਪਤਾ ਸੀ ਕਾਰਵਾਈ 'ਚ ਵੀ ਅਸੀਂ ਜਗ੍ਹਾ ਦੇਣ ਨੂੰ ਇੱਥੇ ਵੀ ਤਿਆਰ ਸੀਗੇ ਜੀ, ਤੇ ਉਹਨਾਂ ਨੇ ਕੱਲ ਜੋ ਕੀਤਾ ਜੀ ਮਾੜਾ ਕੀਤਾ ਜੀ। ਉਹ ਸਰਪੰਚ ਸਾਹਿਬ ਅੰਦਰ ਬੈਠੇ ਨੇ, ਸਰਪੰਚ ਸਾਹਿਬ ਦੇ ਨਾਲ ਸਾਡੀ ਗੱਲਬਾਤ ਹੋਈ ਸੀ। ਸਰਪੰਚ ਸਾਹਿਬ ਨੂੰ ਕਾਫੀ ਜਿਹੜਾ ਕਿ ਭਾਵੁਕ ਵੀ ਹੋਏ ਨੇ ਰਾਤ ਸਾਡੇ ਕੋਲ ਬੈਠੇ। ਮੈਂ ਜੀ ਪੰਚਾਇਤ ਮੈਂਬਰ ਆ, ਮੈਂ ਵੀ ਪੰਚਾਇਤ 'ਚ ਹੀ ਹਾਂ ਜੀ, ਜ਼ਿਆਦਾ ਬੋਲ ਲਿਆ ਨਹੀਂ ਜੀ, ਬਾਕੀ ਇੱਧਰ ਵਿਊ ਲੈ ਲਓ ਜੀ ਇਹਨਾਂ ਦੇ। ਬਿਲਕੁਲ, ਤਾਂ ਇਹ ਜਿਹੜੀ ਅਸੀਂ ਮੁਲਾਕਾਤ ਇੱਥੇ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਇੱਥੇ ਹਰ ਇੱਕ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਬਾਬਾ ਕੱਲ ਜਿਹੜਾ ਕੁਝ ਵਾਪਰਿਆ ਇੱਥੇ, ਕੱਲ ਤੁਸੀਂ ਮੌਜੂਦ ਸੀ, ਇੱਥੇ ਹੈਗੇ ਸੀਗੇ? ਅਸੀਂ ਲੇਟ ਗਏ ਆ ਜੀ ਬਾਵਾ। ਹਾਂ, ਉਹ ਤਾਂ ਜਾਂਦਿਆਂ ਨੂੰ ਕੰਮ ਚੱਲੀ ਜਾਂਦਾ ਸੀਗਾ। ਉਹ ਕਹਿੰਦੇ ਵੀ ਅਸੀਂ ਉਹ ਛੋਟਾ ਕਰਨਾ ਹੈ, ਅਸੀਂ ਕਹਿੰਦੇ ਸੀ ਵੀ ਇਹਦਾ ਕੰਮ ਤੁਹਾਡਾ ਠੀਕ ਨਹੀਂ ਆ, ਤੁਸੀਂ ਇਹਨੂੰ ਇਹ ਤੋਂ ਵੱਡਾ ਬਣਾਓ। ਭਗਵੰਤ ਮਾਨ ਇੱਥੇ ਵਾਅਦਾ ਵੀ ਕਰਕੇ ਗਿਆ ਸੀ, ਕਹਿੰਦਾ ਮੈਂ 25 ਬਿਸਤਰਿਆਂ ਦਾ ਹਸਪਤਾਲ ਬਣਾਊਂ। ਇਹ ਵੀ ਸਟੇਜ ਤੇ ਬੋਲ ਕੇ ਗਿਆ ਸੀ। ਜੋ ਕੱਲ ਸਰਪੰਚ ਨੇ ਕਿਹਾ, ਕਹਿੰਦਾ ਇਹ ਕੀ ਕਰ ਰਹੇ ਹੋ, ਉਹ ਸਰਪੰਚ ਨੂੰ ਪੁੱਠਾ ਬੋਲਿਆ, ਕਹਿੰਦਾ ਤੇਰੇ ਮਾਰ ਕੇ ਲਫੇੜੇ ਤੈਨੂੰ ਅੰਦਰ ਛੱਡਿਆ ਹੋਵੇ, ਤੈਨੂੰ ਫੇਰ ਪਤਾ ਲੱਗੇ। ਜਾਣੇ ਸਾਨੂੰ ਪਿੰਡ ਨੂੰ ਵਿਆਹ ਵਰਗਾ ਲੱਗਿਆ ਵੀ ਸਾਡੇ ਪਿੰਡ 'ਚ ਇਹੋ ਜਿਹਾ ਬੰਦਾ ਆਉਣਾ ਨਹੀਂ ਚਾਹੀਦਾ ਮੁੜ ਕੇ। ਬਾਈ ਇੰਨੀ ਗੱਲ ਹੀ ਸੁਣੀ ਆ ਜੀ। ਉਹ ਤਾਂ ਕਹਿੰਦੇ ਰਹਿੰਦੇ ਸੀਗੇ ਵੋਟਾਂ ਤੋਂ ਪਹਿਲਾਂ ਕਿ ਸਰਕਾਰ ਆ ਜਿਹੜੀ ਆ ਸੱਥਾਂ 'ਚੋਂ ਚੱਲਿਆ ਕਰੂਗੀ, ਆ ਲੋਕਾਂ ਨਾਲ ਅਸੀਂ ਗੱਲ ਆ ਕੇ ਕਰਿਆ ਕਰਾਂਗੇ, ਸਲਾਹ ਮਸ਼ਵਰੇ ਕਰਿਆ ਕਰਾਂਗੇ। ਤੁਹਾਡੇ ਨਾਲ ਕਰੀਏ ਗੱਲ ਸਲਾਹ? ਕੋਈ ਸਲਾਹ ਕਿਹਨੇ ਕਰਨੀ ਸੀਗੀ ਜੀ, ਸਾਡੇ ਤਾਂ ਹਸਮਾਂ ਪੈਰਾਂ ਨੂੰ ਪਾਉਂਦੇ ਆ, ਵੱਡਿਆਂ ਤੋਂ ਚੀਜ਼ਾਂ ਛੋਟੀਆਂ ਬਣਾਉਂਦੇ। ਅਸੀਂ 25 ਬਿਸਤਰਿਆਂ ਦਾ ਹਸਪਤਾਲ ਦੀ ਬਿੱਡ ਕਰਦੇ ਆ, ਉਹਨਾਂ ਨੇ ਉਹ ਵੀ ਚੱਕਣ ਦੀ ਕੋਸ਼ਿਸ਼ ਕਰਦੇ। ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਤੁਹਾਡੇ ਧੀਆਂ ਪੁੱਤਾਂ ਆਮ ਲੋਕਾਂ ਨਾਲ ਚੱਲਾਂਗੇ, 24 ਘੰਟੇ ਤੁਹਾਡੇ ਨਾਲ ਰਹਾਂਗੇ, ਨਾਲ ਸਾਡੇ ਕਿਹਨੇ ਰਹਿਣਾਗਾ? ਸਰਕਾਰ ਤਾਂ ਕੋਈ ਵੀ ਨਹੀਂ, ਇਹ ਤਾਂ ਮੌਕੇ ਤੇ ਛੱਡ ਕੱਢੀ ਸਾਧ ਵੇਚ ਤੇਰੇ ਮਗਰ ਤੂੰ ਕੌਣ ਮੈਂ ਕੌਣ। ਵੋਟਾਂ ਦਾ ਮਸਲਾ ਸੀਗਾ, ਉਹ ਐਂ ਕਹਿ ਕੇ ਲੈ ਲਈਆਂ। ਕੋਈ ਉਹਨਾਂ ਨੂੰ ਕੋਈ ਚੰਗਾ ਆਇਆ ਨਹੀਂ ਪ੍ਰੋਜੈਕਟ ਕਿਸੇ ਹਿਸਾਬ ਦਾ ਵੀ ਆਹ ਚੰਗਾ ਆਇਆ ਹੋਵੇ। ਉਹ ਕਹਿੰਦੇ ਸੀਗੇ ਅਸੀਂ 5 ਸਾਲਾਂ ਬਾਅਦ ਵੋਟ ਨਹੀਂ ਮੰਗਣਾ ਆਵਾਂਗੇ ਜੇਕਰ ਸਾਡਾ ਕੋਈ ਗਲਤ ਕੰਮ ਹੋਇਆ। ਹੁਣ ਆਉਣਗੇ ਵੋਟਾਂ ਮੰਗਣ, ਫਿਰ ਕੀ ਉਹਨਾਂ ਨੂੰ ਪੁੱਛੋਗੇ ਕੋਈ ਗੱਲ? ਤਾਂ ਪਿੰਡ 'ਚ ਵੀ ਨਹੀਂ ਵੜਨ ਦਿੰਦੇ ਜੀ, ਉਹੋ ਜਿਹੇ ਬੰਦੇ ਨੂੰ ਵੀ ਸਾਡੇ ਪਿੰਡ 'ਚ ਖੁਸ਼ੀ ਆਵੇ। ਸਾਰਾ ਪਿੰਡ ਹੀ ਬਾਈਕਾਟ ਕਰੂਗਾ, ਵਾਢਿਆਂ ਲਾ ਉਹਨਾਂ ਦਾ। ਸਾਡਾ ਸਰਪੰਚ ਚੁਣਿਆ ਵਾ, ਸਾਰੇ ਪਿੰਡ ਦਾ ਚੁਣਿਆ ਵਾ। ਇਹ ਥੋੜ੍ਹਾ ਵੀ ਉਹਨੂੰ ਜਦੋਂ ਉਹਦੀ ਹੱਦ ਕਰ ਗਿਆ ਬਾਕੀ ਕੀ ਰਹਿ ਗਿਆ ਪਿੱਛੇ ਸਾਡੇ ਕੋਲੇ। ਅਸੀਂ ਨਹੀਂ ਇਹ ਚੀਜ਼ ਨੂੰ ਚੰਗਾ ਚਾਹੁੰਦੇ। ਅਸੀਂ ਗਾਹਾਂ ਨੂੰ ਇਹੋ ਜਿਹੇ ਬੰਦੇ ਨੂੰ ਮੱਥੇ ਵੀ ਨਹੀਂ ਲਾ ਕੇ ਰਾਜੀ। ਵੋਟ ਤਾਂ ਪਾਉਣੀ ਕੀ ਆ, ਪਿੰਡ ਹੀ ਨਹੀਂ ਪਾਉਂਦਾ ਸਾਡਾ ਸਾਰਾ। ਜੀ ਬਿਲਕੁਲ। ਬਾਬਾ ਜੀ ਤੁਸੀਂ ਪਤਾ ਹੋਊ ਤੁਹਾਨੂੰ ਘਟਨਾ ਬਾਰੇ? ਊਂ ਤਾਂ ਪਤਾ ਹੀ ਲੱਗ ਗਿਆ ਹੋਣਾ ਘਟਨਾ ਬਾਰੇ। ਫਿਰ ਕੀ, ਜਿਵੇਂ ਬਾਬੇ ਨੇ ਕਿਹਾ ਸੀ ਤਾਂ ਪਿੰਡ ਦੇ ਵਿੱਚ ਨਹੀਂ ਵੜਨ ਦਿੰਦੇ, ਤੁਸੀਂ ਫਿਰ? ਇਹ ਸਾਰੇ ਪਾਸੇ ਇੱਕੋ ਹੀ ਕਾਨੂੰਨ ਹੁਣ ਲਾਗੂ ਹੁੰਦਾ ਜੀ। ਹਾਂਜੀ, ਕੋਈ ਵੀ ਨਹੀਂ ਬੰਦਾ ਚਾਹੁੰਦਾ ਹੁੰਦਾ ਮਾੜੇ ਬੰਦੇ ਨੂੰ, ਕੋਈ ਵੀ ਨਹੀਂ ਚਾਹੁੰਦਾ ਹੁੰਦਾ। ਹਮੇਸ਼ਾ ਚੰਗੇ ਬੰਦੇ ਦੀ ਜਿੱਤ ਹੁੰਦੀ ਹੈਗੀ, ਉਸ ਨੂੰ ਚਾਹੁੰਦਾ ਅਗਲਾ। ਬਿਲਕੁਲ। ਹਾਂਜੀ, ਅਫਸੋਸ ਹੁੰਦਾ ਕਿ ਇੱਥੇ ਸਤਨਾਮ ਰਾਹੀ ਖੜੇ ਹੋਏ ਸੀ, ਚਰਨਜੀਤ ਚੰਨੀ ਖੜੇ ਹੋਏ ਸੀ, ਵੀ ਉਹਨਾਂ ਨੂੰ ਵੋਟ ਪਾ ਦਿੰਦੇ ਤੂੰ ਤਾਂ। ਇਹ ਤਾਂ ਮਗਰ ਤਾਂ ਪਛਤਾਉਂਦਾ ਹੀ ਹੈ ਜੀ ਅਗਲਾ। ਪਹਿਲਾਂ ਉਦੋਂ ਦੇਖਦਾ ਵੀ ਬਲਦਾ ਲਿਆਉਣਾ ਵੀ ਗਾਉਂ ਨਹੀਂ ਕਿੰਨੇ ਕੁ ਚੰਗੇ ਹੋਣਗੇ, ਪਰ ਐਂ ਨਹੀਂ ਪਤਾ ਸੀ ਵੀ ਉਦੋਂ ਵੀ ਛੰਦ ਨਿਕਲਿਆ। ਇਹ ਤਾਂ ਹੁਣ ਦਿੰਦਾ ਹੀ ਆ ਸਾਨੂੰ ਵੀ ਉਦੋਂ ਵੀ ਚੰਦ ਟੱਕਰੇ ਆ। ਉਹਨਾਂ ਨੂੰ ਕੋਈ ਜਾਣੇ ਚੰਗਾ ਨਹੀਂ ਕੰਮ ਹੋਇਆ ਇਹਨਾਂ ਤੋਂ ਅਜੇ ਤੱਕ। ਗਾਹਾਂ ਦੇਖੋ ਕੀ ਕਰਦੇ ਆ ਕੀ ਨਹੀਂ ਕਰਦੇ। ਆ ਗਿਆ ਬਦਲਾਅ ਫਿਰ? ਕੱਲ ਕਹਿੰਦੇ ਤੁਹਾਡੇ ਪਿੰਡ ਦੇ ਵਿੱਚ ਕਾਫੀ ਬਦਲਾਅ ਆ ਗਿਆ। ਤਾਂ ਪੂਰੇ ਦਰਜੇ ਦਾ ਹੀ ਆ ਗਿਆ ਜੀ, ਇਹ 'ਚ ਕੋਈ ਸ਼ੱਕ ਨਹੀਂ ਰਹੀ। ਉਹਨੂੰ ਪੁਲਿਸ ਲੈ ਕੇ ਨਿਕਲ ਗਈ, ਨਾਲ ਦੀ ਨਾਲ ਗੱਡੀਆਂ ਹੋਰ ਮੰਗਾ ਲਈਆਂ। ਨਹੀਂ ਤਾਂ ਉਹਨੂੰ ਸੋਧ ਦੇਵੇਂ ਕਹਿੰਦੀ ਅਸੀਂ ਸਮਾਨ ਪਾਉਂਦੇ ਜਿੰਨੇ ਜੋਗਰੇ ਸੀਗੇ, ਅਸੀਂ ਬਖਸ਼ਦੇ ਨਹੀਂ ਸੀਗੇ। ਇੱਕ ਬੰਦਾ ਕੱਲ ਤਾਂ ਸਾਨੂੰ ਹੱਥ ਬੰਨ੍ਹ ਕੇ ਵੋਟਾਂ ਮੰਗਦਾ ਮੇਰੀ ਮਦਦ ਕਰੋ, ਅਗਲੇ ਦਿਨ ਸਾਨੂੰ ਆ ਕੇ ਲਫੇੜੇ ਦਿਖਾਉਂਦਾ, ਕਹਿੰਦਾ ਤੁਹਾਨੂੰ ਜੇਲ੍ਹ 'ਚ ਸਿੱਟਿਆ ਹੋਵੇ, ਫਲਾਨਾ ਕਰਿਆ ਹੋਵੇ। ਉਹਨੂੰ ਅਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ? ਨਹੀਂ ਕਰਦੇ। ਬਿਲਕੁਲ। ਤਾਂ ਅਸੀਂ ਅੱਗੇ ਚੱਲਦੇ ਹਾਂ। ਇੱਧਰ ਕਾਫੀ ਸਾਡੇ ਨਾਲ ਜੁੜੇ ਹੋਏ ਨੇ ਬਜ਼ੁਰਗੋ। ਕਿੰਨੀ ਕੁ ਉਮਰ ਹੋ ਗਈ ਤੁਹਾਡੀ? ਅੱਜ ਇੱਥੇ ਬੈਠੇ ਹੋਗੇ, ਪਤਾ ਮਸਲੇ ਦਾ ਪੂਰੇ ਦਾ? ਨਹੀਂ ਜੀ, ਆਪਾਂ ਨੂੰ ਨਹੀਂ ਕੋਈ ਪਤਾ ਹੈ। ਅੱਜ ਇੱਥੇ ਸੱਦਿਆ ਗਾ ਤੁਹਾਨੂੰ, ਕਹਿੰਦੇ ਕਿ ਕੱਲ ਸਰਪੰਚ ਨੂੰ ਕਾਫੀ ਕੁਝ ਬੋਲ ਗਿਆ। ਸਰਪੰਚ ਨੂੰ ਬਹੁਤ ਕੁਝ ਬੋਲ ਗਿਆ ਜੀ, ਇਕੱਲੇ ਸਰਪੰਚ ਨੂੰ, ਸਾਰੇ ਪਿੰਡ ਨੂੰ ਬੋਲ ਗਿਆ। ਸਾਨੂੰ ਬਹੁਤ ਮਾੜਾ ਬੰਦਾ ਇਹ, ਵੀ ਅਸੀਂ ਇਹਨੂੰ ਗਾਹਾਂ ਵਾਸਤੇ ਪਿੰਡ 'ਚ ਵੜਨ ਨਹੀਂ ਦਿੰਦੇ। ਬਸ ਆਪਣੀ ਉਮਰ ਦੇ ਵਿੱਚ ਕਦੇ ਦੇਖਿਆ ਸੀ ਇਹੋ ਜਿਹਾ ਕੁਝ ਐਮਐਲਏ ਵੱਲੋਂ ਸਰਪੰਚ ਨੂੰ ਬੋਲਿਆ ਗਿਆ ਹੋਵੇ? ਅਸੀਂ ਇਹੋ ਜਿਹਾ ਬੰਦਾ ਅੱਜ ਤੱਕ ਦੇਖਿਆ ਹੀ ਨਹੀਂ ਸੀ। ਇਹ ਕਹਿੰਦਾ ਸੀ ਵੀ ਬਦਲਾਓ ਕਰੂੰਗਾ। ਹੁਣ ਥਾਂ ਥਾਂ ਤਾਂ ਚੋਰੀਆਂ ਹੋਈ ਜਾਂਦੀਆਂ, ਥਾਂ ਥਾਂ ਕੋ ਜਿੱਥੇ ਮਰਜ਼ੀ ਲੁੱਟ ਖੋਹ ਹੋਈ ਜਾਂਦੀ ਆ। ਆ ਸਾਡੇ ਭੜਾਂ ਵਾਲੇ ਰਾਹ ਦੇ ਵਿੱਚ ਕੋਈ ਨਹੀਂ ਲੰਘਣ ਦਿੰਦਾ ਹੈ। ਇਹਦੇ ਰਾਜ ਦੇ ਵਿੱਚ ਬਦਲਾਓ ਹੋਇਆ ਵਾ। ਕੁਲਚਿਆਂ ਵਾਲੇ ਤੋਂ ਵੀ ਪੈਸੇ ਖੋਹੀ ਜਾਂਦੇ ਆ। ਕੁਲਚਿਆਂ ਵਾਲੇ ਤੋਂ ਵੀ? ਹਾਂ,
ਜਿਹੜਾ ਕੁਲਚੇ ਵਾਲਾ ਬੰਦਾ ਨਾ ਉਸ ਤੋਂ ਵੀ ਪੈਸੇ ਖੋਲੇ ਇਹਦੇ ਰਾਜ ਦੇ ਵਿੱਚ, ਜਿਹੜਾ ਕਹਿੰਦਾ ਸੀ ਵੀ ਬਦਲਾਅ ਹੋਊਗਾ, ਵੀ ਬਦਲਾਅ ਹੋਈ ਜਾਂਦਾ। ਹੁਣ ਇੱਥੋਂ ਘਰ ਤੱਕ ਜਾਣ ਦਾ ਕੋਈ ਪਤਾ ਨਹੀਂ ਵੀ ਜਾਣ ਦੇਊਗਾ ਕੋਈ ਕਿ ਨਾ ਜਾਣ ਦੇਊਗਾ। ਇੰਨਾ ਇਹ ਰਾਜ ਪੁੱਠਾ ਆਇਆ ਜਿੰਨਾ ਵੀ ਕਹਦੇ। ਅਸੀਂ ਇਹਨੂੰ ਗਾਹਾਂ ਵਾਸਤੇ ਪਿੰਡ 'ਚ ਨਹੀਂ ਵੜਨ ਦੇ, ਵੋਟ ਤਾਂ ਅਸੀਂ ਇਹਨੂੰ ਐਤਕੀ ਵੀ ਨਹੀਂ ਸੀ ਪਾਈ, ਅਸੀਂ ਤਾਂ ਹੋਰਾਂ ਲੋਕਾਂ ਨੇ ਪਾਈਆਂ ਜਾਣੀ ਦੀ, ਅਸੀਂ ਤਾਂ ਇਹਨੂੰ ਜ਼ਿੰਦਗੀ ਭਰ ਹੀ ਨਹੀਂ ਪਾਉਂਦੇ। ਇੰਨਾ ਰਾਜ ਇਹ ਪੁੱਠਾ ਸੀ। ਚੰਨੀ ਹੋਰੇ ਖੜੇ ਹੋਏ ਸੀ ਇੱਥੋਂ, ਚੰਨੀ ਹੋਰੇ ਹੋਏ ਸੀਗੇ, ਇਦੋਂ ਤਾਂ ਅਸੀਂ ਜੇ ਚੰਨੀ ਹੋਰਾਂ ਨੂੰ ਪਾਉਂਦੇ ਉਹ ਇਦੋਂ 100 ਗੁਣੇ ਚੰਗੇ ਸੀ। ਇਹਨਾਂ ਜਿੰਨਾ ਤਾਂ ਬੰਦਾ ਮਾੜਾ ਤਾਂ ਅਜੇ ਤੱਕ ਜੰਮੇ ਹੀ ਨਹੀਂ, ਹੋਰ ਤਾਂ ਕੀ ਹੈਗਾ, ਇਦੋਂ ਗਾਹਾਂ ਤਾਂ ਕੋਈ ਜੰਮੂਗਾ ਕੀ। ਅਸੀਂ ਤਾਂ ਬਾਹਲੇ ਵਿਰੁੱਧ ਹੋਏ ਬੈਠੇ ਹਾਂ, ਕੇਵਲਾਂ ਸਾਡੀਆਂ ਨਹੀਂ ਰਹਿੰਦੀਆਂ, ਹੋਰ ਕੁਛ ਸਾਡਾ ਨਹੀਂ ਰਹਿੰਦਾ ਹੈ। ਖੇਤਾਂ 'ਚੋਂ ਕੁੱਲ ਬੰਦੇ ਦੇ ਸਿੰਡੀਕੇਟ ਚੁਕਵਾਤੇ ਇਹਦੇ ਰਾਜ ਦੇ ਵਿੱਚ, ਕੁੱਲ ਬੰਦੇ ਨੇ ਲਿਆ ਕੇ ਘਰੀ ਆਪਦੇ ਭੋਰਾ ਘਰ ਹੈ ਉਹਨਾਂ ਦੇ ਵਿੱਚ ਲਿਆ ਕੇ ਸਿੰਡੀਕੇਟ ਲਾਈ ਬੈਠੇ ਆ। ਐਂ ਨਹੀਂ ਪਤਾ ਵੀ ਜਾਂਦਿਆਂ ਨੂੰ ਖੇਤ ਭਾਵੇਂ ਨੇ ਟੋਕੇ ਵੀ ਨਹੀਂ ਹੋਣੇ ਜਾਂ ਪਟਾ ਵੀ ਨਹੀਂ ਹੋਣਾ ਜਾਂ ਕੁਛ ਵੀ ਨਹੀਂ ਹੋਣਾ। ਕੋਈ ਰਾਜਾ ਬਾਬੂ ਨੂੰ ਜੇ ਕਿਤੇ ਜਾਹਾ ਉੱਥੇ ਥਾਣੇ 'ਚ ਉਹ ਕਹਿੰਦੇ ਨਾ ਤਰੋ, ਨਾ ਕਿਹਦਾ ਤਰ ਗਏ, ਅਸੀਂ ਤਾਂ ਉਦੋਂ ਪਏ ਹੁੰਦੇ। ਬਸ ਇੰਨਾ ਕੀ ਕੁਛ ਕਹਿਣ ਜਾਣਦੇ ਜੀ ਅਸੀਂ ਤਾਂ। ਪੈਸੇ ਪੂਸੇ ਤਾਂ ਨਹੀਂ ਜੇਬ 'ਚ ਰੱਖਦੇ ਤੁਸੀਂ, ਕਿਤੇ ਭੱਜਿਆ ਵੀ ਨਹੀਂ ਨਾ? ਅਸੀਂ ਡੱਕਾ ਨਹੀਂ ਰੱਖਦੇ ਨਾ, ਸਾਥੋਂ ਭੱਜਿਆ ਜਾਂਦਾ, ਸਾਥੋਂ ਕਰਮ ਨਹੀਂ ਤੁਰਨ ਦਿੰਦੇ ਉਹਦੀ ਖੋਲਣਗੇ। ਸਾਨੂੰ ਤਾਂ ਕਰਮ ਨਹੀਂ ਤੁਰਨ ਦਿੰਦੇ ਉਹਦੀ ਖੋਲਣਗੇ। ਆ ਸੋਟੀ ਰੱਖੀ ਆ, ਸੋਟੀ ਸਹਾਰਾ ਨਹੀਂ ਬਣਦੀ ਫਿਰ? ਉਹ ਸੋਟੀ ਕੁਛ ਨਹੀਂ, ਉਹਦੇ ਉਹਨਾਂ ਕੋਲੇ ਦਾਹ ਹੁੰਦੇ ਆ। ਇਹ ਸੋਟੀ ਤਾਂ ਸਾਨੂੰ ਪਰ ਹੀ ਸੁੱਟਣੀ ਪੈਂਦੀ ਆ, ਇਹ ਤਾਂ ਇਕੱਲਾ ਮਾੜਾ ਜਿਹਾ ਤੁਰਨ ਦੀ ਖਾਤਰ ਹੀ ਆ ਬਸ। ਪੈਸਾ ਪੂਸਾ ਨਹੀਂ ਕਿਸੇ ਕੋਲੇ ਛੱਡਦੇ। ਪੈਸੇ ਵਾਲੀ ਤਾਂ ਸਰਕਾਰ ਹੀ ਖਤਮ ਹੈ, ਪੈਸੇ ਨੂੰ ਤਾਂ ਫਿਰਦੇ ਆ। ਬਸ ਇੰਨਾ ਕੁਛ ਕਹਿਣੀ ਚਾਹੁੰਦੇ ਸੀ ਜੀ। ਤਾਂ ਅਸੀਂ ਅੱਗੇ ਚੱਲਦੇ ਹਾਂ ਇੱਧਰ। ਹਾਂਜੀ, SHO ਸਾਹਿਬ ਨਾਲ ਸੀਗੇ ਕੱਲ? ਹਾਂ, ਮੂਹਰੇ ਖੜੇ ਦੇਖਿਆ। ਤਾਂ ਇੱਧਰ ਪ੍ਰਸ਼ਾਸਨ ਵੀ ਬੈਠਾ ਸੀ, ਫਿਰ ਇਹਨਾਂ ਲੋਕਾਂ ਕੋਲ ਆਉਣੇ ਆ, ਸਾਡੇ ਕੋਲ ਮੌਜੂਦ ਆ, ਅਸੀਂ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਾਂਗੇ। SHO ਸਾਹਿਬ ਤੁਸੀਂ ਕੱਲ ਨਾਲ ਸੀਗੇ ਜਿਹੜੀ ਘਟਨਾ ਵਾਪਰੀ ਆ ਇੱਥੇ ਹੋਇਆ ਜੋ ਕੁਝ ਹੋਇਆ, ਤੁਸੀਂ ਕੱਲ ਨਾਲ ਸੀਗੇ? ਹਾਂਜੀ, ਜਿਹੜਾ ਇੱਥੇ ਕੱਲ ਵਿਧਾਇਕ ਦੇ ਨਹੀਂ, ਆਪਾਂ ਵੀ ਗੱਲ ਬਹੁਤ ਬਾਹਲੀ ਜ਼ਰੂਰੀ ਆ ਗੱਲ ਜਿਹੜੀ ਆਪਾਂ ਕਰ ਰਹੇ ਹਾਂ, ਲੋਕਾਂ ਦੀ ਮਸਲਾ ਹੈਗਾ। 9763 ਅੱਛਾ, ਨੰਬਰ ਲਿਖਾ ਰਹੇ ਨੇ SHO ਸਾਹਿਬ। ਅਸੀਂ ਕੋਈ ਨਹੀਂ, ਇੱਥੇ ਖੜੇ ਆ, ਗੱਲਬਾਤ ਕਰਾਂਗੇ SHO ਸਾਹਿਬ ਦੇ ਨਾਲ। ਇੱਧਰ ਕਦੀ ਮਗਰਲੇ ਪਾਸੇ ਦਿਖਾ ਦੇ, ਮਾੜਾ ਜਿਹਾ ਕੈਮਰਾ ਦਿਖਾ ਦੇ। ਮਗਰਲੇ ਪਾਸੇ ਲੋਕ ਖੜੇ ਨੇ, ਲੋਕ ਨੇ ਦੱਸਿਆ ਗਾ ਕਿ SHO ਸਾਹਿਬ ਨਾਲ ਸੀਗੇ। ਤੁਸੀਂ ਵੀ ਨਾਲ ਹੋਵੋਗੇ, ਮੁਲਾਜ਼ਮ ਹੋ ਤੁਸੀਂ ਇੱਥੋਂ ਥਾਣੇ 'ਚ? ਕਿਵੇਂ ਤੁਸੀਂ ਕੱਲ ਜੋ ਇੱਥੇ ਵਾਪਰਿਆ ਉਹਦੇ ਦੇਖਿਆ ਹੋਣਾ ਤੁਸੀਂ ਸਾਰਾ ਕੁਝ, ਕੀ ਕੁਝ ਹੋਇਆ ਇੱਥੇ? ਉਹ ਤਾਂ ਰੁਕਾਵਟ ਆਉਂਦੇ ਸੀ, ਹੋਰ ਤਾਂ ਕੀ ਦੇਖਿਆ ਸਰ। ਕੌਣ ਰੁਕਾਵਟ ਪਾਉਂਦੇ ਸੀ? ਆਪਣੇ ਪਬਲਿਕ ਹੀ। ਪਬਲਿਕ ਇੱਥੇ ਇਕੱਠੀ ਹੋਈ ਆ। ਪਬਲਿਕ ਕਹਿੰਦੇ ਵੀ ਸਾਨੂੰ ਚਾਹੀਦੀ ਨਹੀਂ ਮੁਹੱਲਾ ਕਲੀਨਿਕ, ਸਾਡੇ ਤੇ ਧੱਕੇ ਨਾਲ ਥੋਪੇ ਜਾ ਰਹੇ ਨੇ। ਪਿੰਡ ਦਾ ਕੰਮ ਹੈ ਸਰ, ਇਹਨਾਂ ਵੀ ਚਾਹੀਦਾ ਜਾਂ ਨਹੀਂ ਚਾਹੀਦਾ ਸਰ। ਠੀਕ ਹੈ ਜੀ। SHO ਸਾਹਿਬ ਕਿਸੇ ਨਾਲ ਵੱਡੇ ਅਫਸਰ ਨਾਲ ਲੱਗੇ ਨੇ ਜਾਂ ਕੋਈ ਪਰਸਨਲ ਗੱਲ ਕਰ ਰਹੇ ਨੇ? ਮਾਨਸਾ ਡਿਪਟੀ ਸਾਹਿਬ ਦੇ ਨਾਲ ਗੱਲ ਚੱਲਦੀ ਹੈ ਜੀ। ਉਹਨਾਂ ਨੇ ਕਹਿੰਦੇ ਇੱਥੇ ਕੋਈ ਕੰਮ ਸੀ ਉਹਨਾਂ ਦਾ ਜ਼ਰੂਰੀ, ਉਹਨਾਂ ਨੇ ਡਿਊਟੀ ਮੇਰੀ ਲਾਈ ਸੀ ਯਾਰ, ਮੇਰਾ ਨੰਬਰ ਦਿੱਤਾ ਉਹਨਾਂ ਨੇ ਸਰ। ਬਈ ਤੁਸੀਂ ਵੀ ਨਾਲ ਸੀ ਕੱਲ? ਨਾਲ ਨਹੀਂ ਸੀਗੇ, ਥਾਣੇ 'ਚ ਸੀ ਤੁਸੀਂ? ਨਹੀਂ, ਮੈਂ ਤਾਂ ਜੀ ਬਾਹਰ ਆਊਟ ਸਟੇਸ਼ਨ ਹੀ। ਅੱਛਾ, ਆਊਟ ਸਟੇਸ਼ਨ ਸੀ। ਤਾਂ ਇੱਥੇ ਹੋਰ ਵੀ ਮੁਲਾਜ਼ਮ ਖੜੇ ਨੇ। ਬਾਈ ਤੁਸੀਂ ਤਾਂ ਨਹੀਂ ਨਾਲ? ਤੁਸੀਂ ਤਾਂ ਨਹੀਂ ਸੀ ਨਾਲ? ਸਭ ਦੱਸ ਸਕਦੇ ਸਾਡੇ। ਹਾਂਜੀ, ਨਾ ਸਾਡੇ ਤਾਂ ਡਿਊਟੀਆਂ ਲੱਗੀਆਂ ਹੋਈਆਂ ਬਾਹਰ। ਨਹੀਂ, ਤੁਸੀਂ ਇੱਥੇ ਪਿੰਡ 'ਚ ਸੀ ਜਾਂ ਬਾਹਰ ਸੀ ਕਿਤੇ? ਬਸ ਬਾਹਰ ਸਾਡੀਆਂ ਡਿਊਟੀਆਂ ਲੱਗੀਆਂ, ਬਾਹਰ ਡਿਊਟੀਆਂ ਲੱਗੀਆਂ ਨੇ, ਉਹ ਕਰਕੇ ਜਾਣਾ ਪੈਂਦਾ। ਸਾਰੇ ਡਿਊਟੀਆਂ ਅਲੱਗ-ਅਲੱਗ। ਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ SHO ਸਾਹਿਬ ਦੇ ਨਾਲ ਅਸੀਂ ਗੱਲ ਕਰਨੀ ਚਾਹੀ, ਤਾਂ ਹੁਣ ਦੇਖਦੇ ਆਂਗੇ ਕਿ ਸਾਡੇ ਨਾਲ ਗੱਲ ਕਰਨਗੇ ਜਾਂ ਨਹੀਂ ਕਰਨਗੇ। ਤਾਂ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਮੁੱਦੇ ਦੀ ਤਹਿ ਤੱਕ ਜਾਇਆ ਜਾਵੇ, ਕਿਉਂਕਿ ਇੱਥੇ ਸਾਨੂੰ ਬਜ਼ੁਰਗਾਂ ਨੇ ਦੱਸਿਆ ਕਿ ਇੱਥੇ ਚੋਰੀਆਂ ਵੀ ਬਹੁਤ ਹੁੰਦੀਆਂ ਨੇ, ਸਾਡੀਆਂ ਕੇਬਲਾਂ ਲਾਈਆਂ ਜਾਂਦੀਆਂ ਨੇ, ਸਾਡੇ ਸਿੰਡੀਕੇਟ ਚੱਕੇ ਜਾਂਦੇ ਨੇ, ਸਾਡੇ ਜੇਬਾਂ ਦੇ ਵਿੱਚ ਅਸੀਂ ਪੈਸੇ ਰੱਖਣੋਂ ਹਟ ਗਏ ਹਾਂ ਕਿ ਸਦਰੇ ਤੋਂ ਭੱਜਾ ਨਹੀਂ ਜਾਣਾ। ਤਾਂ ਅਸੀਂ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ। SHO ਸਾਹਿਬ ਹਜੇ ਬਿਜੀ ਨੇ। ਕੁਲਦੀਪ ਉਹ ਤਸਵੀਰ ਦਿਖਾ ਦਿਓ, ਉੱਧਰ ਫੋਨ ਤੇ ਲੱਗੇ ਹੋਏ ਨੇ SHO ਸਾਹਿਬ, ਉਹ ਬਿਜੀ ਨੇ ਹਲੇ। ਤਾਂ ਅਸੀਂ ਇੱਧਰਲੇ ਪਾਸੇ ਗੱਲਬਾਤ ਕਰ ਲਈਏ ਲੋਕਾਂ ਦੇ ਨਾਲ। ਉਹਨਾਂ ਟਾਈਮ ਅੱਜ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਸਾਰਿਆਂ ਦੇ ਨਾਲ ਹੀ ਕਰਾਂਗੇ। ਗਰਾਊਂਡ ਜ਼ੀਰੋ 'ਤੇ ਰਿਪੋਰਟਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਗਰਾਊਂਡ ਜ਼ੀਰੋ ਤੋਂ ਅਸੀਂ ਮੁਲਾਕਾਤ ਆ ਜਿਹੜੀ ਲੋਕਾਂ ਦੇ ਨਾਲ ਕਰ ਰਹੇ ਹਾਂ ਕਿ ਕੀ ਵਾਪਰਿਆ। ਬਾਬਾ ਕੱਲ੍ਹ ਕੀ ਵਾਪਰਿਆ ਇੱਥੇ ਪਿੰਡ ਦੇ ਵਿੱਚ ਪਤਾ? ਕੱਲ ਜੀ ਸਹਿਣਾ ਪਿੰਡ ਦੇ ਅੰਦਰ ਜਿਹੜੀ ਇਹ ਮੁਹੱਲਾ ਕਲੀਨਿਕ ਦਾ ਜੋ ਉਦਘਾਟਨ ਹੋਇਆ, ਅਸੀਂ ਇੱਥੇ ਬਾਜ਼ਾਰ 'ਚ ਇਹ ਵੀਡੀਓ ਵਗੈਰਾ ਜੋ ਪੰਚਾਇਤ ਨੇ ਧਰਨਾ ਲਾਇਆ ਸੀਗਾ, ਉਸ ਤੋਂ ਬਾਅਦ ਗਏ ਅਸੀਂ ਉੱਥੇ। ਪ੍ਰਸ਼ਾਸਨ ਵੀ ਦਾ ਬੰਦੋਬਸਤ ਬਹੁਤ ਸੀਗਾ ਤੇ ਉਦੋਂ ਬਾਅਦ ਅੰਦਰ ਵੀ ਜਾ ਕੇ ਆਏ। ਅਸੀਂ ਆਖਿਆ ਵੀ ਠੀਕ ਆ, ਦੇਖੋ ਕਿਹੜੀਆਂ ਇਹਨਾਂ ਨੇ ਮਸ਼ੀਨਾਂ ਲਾਈਆਂ। ਤੇ ਇਹ MLA ਸਾਹਿਬ ਨਾਲ ਜੋ ਵੀਡੀਓ ਆਈ, ਉਹ ਵੀਡੀਓ ਤੇ ਅਸੀਂ ਦੇਖਿਆ, ਮੌਕੇ ਤੇ ਅਸੀਂ ਨਹੀਂ ਸੀਗੇ, ਪਰ ਅੰਦਰ ਕੋਈ ਸਾਨੂੰ ਮਸ਼ੀਨ ਦਿਖਾਈ ਗਈ ਨਹੀਂ। ਜੋ
ਜੇ ਮੰਤਰੀ ਸਾਹਿਬ ਪਬਲਿਕ ਨੇ ਬਣਾਇਆ, ਜੋ ਉਹਨਾਂ ਨੇ ਕਿਹਾ ਵੀ ਅਸੀਂ ਥੱਪੜ ਮਾਰਾਂਗੇ, ਅਸੀਂ ਇਹਦਾ ਵਿਰੋਧ ਕਰਦੇ ਹਾਂ ਪਿੰਡ ਵੱਲੋਂ, ਜੋ ਕਿ ਇਹ ਮਾਨਵ ਅਧਿਕਾਰਾਂ ਦਾ ਹੰਨਣਾ, ਧਰਨਾ ਲਾਉਣਾ ਹਰੇਕ ਮਨੁੱਖ ਦਾ ਆਵਾਜ਼ ਉਠਾਉਣ ਦਾ ਉਹਦਾ ਹੱਕ ਆ, ਉਹਨੂੰ ਦਬਾਇਆ ਨਾ ਜਾਵੇ, ਜੋ ਕਿ ਪਬਲਿਕ ਦੇ ਅੰਦਰ ਹਰੇਕ ਬੰਦਾ ਆਪ ਬੋਲ ਸਕੇ। ਬਾਕੀ ਪਿੰਡ ਦਾ ਇਹ ਆ ਵੀ ਵੱਡਾ ਪਿੰਡ ਆ ਸਾਡਾ, ਆਬਾਦੀ ਵਾਲਾ ਹੈ, ਜੋ ਇਹਨਾਂ ਦੀ ਮੰਗ ਸੀ ਵੀ ਇਹਨੂੰ ਵੱਡਾ ਕੀਤਾ ਜਾਵੇ, ਨਾ ਕਿ ਛੋਟਾ ਕੀਤਾ ਜਾਵੇ। ਬਿਲਕੁਲ, ਤਾਂ ਅਸੀਂ ਅੱਗੇ ਚੱਲਦੇ ਹਾਂ। ਆ ਨੌਜਵਾਨ ਬੈਠੇ ਨੇ ਬਈ, ਸਰਪੰਚ ਦੀ ਸਪੋਰਟ 'ਚ ਆਏ ਹੋ? ਹਾਂਜੀ ਬਿਲਕੁਲ ਬਾਈ, ਤੇ ਕੱਲ ਜੋ ਵੀ ਵਾਪਰਿਆ ਤੁਹਾਨੂੰ ਪਤਾ ਹੀ ਹੈ, ਸਾਰੇ ਵਾਇਰਲ ਹੋ ਚੁੱਕਿਆ ਹੈਗਾ, ਤੇ ਆਪਾਂ ਦੇਖ ਸਕਦੇ ਹਾਂ ਵੀ ਸਰਪੰਚ ਸਾਹਿਬ ਕਿੰਨੀ ਰਿਸਪੈਕਟ ਨਾਲ ਗੱਲ ਕਰ ਰਹੇ ਨੇ, ਤੇ ਉਹਦਾ ਮੋੜਵਾਂ ਜਵਾਬ ਕੀ ਮਿਲ ਰਿਹਾ ਤੁਹਾਨੂੰ ਪਤਾ ਹੀ ਆ ਵੀ 4 ਲਫੇੜੇ ਮਾਰ ਕੇ ਅੰਦਰ ਸੁੱਟ ਦਿੱਤਾ ਜਾਊਗਾ। ਇਹ ਬਹੁਤ ਸਰਾਸਰ ਗਲਤ ਆ, ਉੱਦਾਂ ਹੀ ਪਤਾ ਵੀ ਇੱਦਾਂ ਬੋਲਣਾ ਬਹੁਤ ਗਲਤ ਆ, ਤੇ ਜੇ ਮੂਹਰੋਂ ਕੋਈ ਰਿਸਪੈਕਟ ਨਾਲ ਗੱਲ ਕਰਦਾ ਉਹਦੇ ਨਾਲ ਰਿਸਪੈਕਟ ਨਾਲ ਗੱਲ ਕਰੋ। ਚਾਹੁੰਦੇ ਹੋ ਇੱਥੇ ਮੁਹੱਲਾ ਕਲੀਨਿਕ ਬਣੇ? ਨਹੀਂ ਵੀਰੇ, ਦੇਖੋ ਸਾਡੇ ਪਿੰਡ ਦੀ ਆਬਾਦੀ ਬਹੁਤ ਜ਼ਿਆਦਾ ਹੈਗੀ, ਯਾਨੀ ਕਿ 10-12 ਹਜ਼ਾਰ ਤਾਂ ਵੋਟ ਹੀ ਆ, ਤੇ ਹਾਂ ਬਣ ਜੇ, ਬਟ ਉਹ ਹਸਪਤਾਲ ਨੂੰ ਨਾ ਮਤਲਬ ਡੀਗ੍ਰੇਡ ਕੀਤਾ ਜਾਵੇ, ਉਹ ਉੱਦਾਂ ਹੀ ਚੱਲਣ ਦਿੱਤਾ ਜਾਵੇ, ਸਾਈਡ ਤੇ ਬਣ ਜੇ, ਕਿੱਥੇ ਤਾਂ ਅਪਗ੍ਰੇਡ ਕਰਨ ਦੀ ਬਜਾਏ ਉਹਨੂੰ ਛੋਟਾ ਕਰ ਰਹੇ ਆ, ਤੇ ਜਿਹੜੇ ਹੁਣ ਗਰੀਬ ਮਜ਼ਦੂਰ ਲੋਕ ਆ ਉਹ ਕਿੱਥੇ ਜਾਣਗੇ ਬਾਈ ਯਾਰ। ਬਿਲਕੁਲ, ਹਾਂਜੀ। ਤਾਂ ਅੱਗੇ ਚੱਲਦੇ ਹਾਂ। ਬਜ਼ੁਰਗੋ, ਕਿੰਨੀ ਕੁ ਉਮਰ ਹੋ ਗਈ? ਦੇਖਿਆ ਪਹਿਲਾਂ ਇਹੋ ਜਿਹਾ ਐਮਐਲਏ ਜਿਹੜਾ ਕਹਿੰਦਾ ਸਰਪੰਚ ਨੂੰ ਵੀ ਮੈਂ ਥੱਪੜ ਮਾਰ ਦੂੰ? ਮੈਂ ਨਹੀਂ ਦੇਖਿਆ, ਨਹੀਂ ਸੀਗਾ, ਜੇ ਮੈਂ ਕੋਲੇ ਹੁੰਦਾ ਫਿਰ ਦੱਸ ਦਿੰਦਾ। ਨਹੀਂ, ਪਹਿਲਾਂ ਤੁਸੀਂ ਆਪਦੀ ਉਮਰ 'ਚ ਦੇਖਿਆ ਹੋਵੇ? ਤਾਂ ਹੀ ਕੋਈ ਐਮਐਲਏ ਨਹੀਂ ਦੇਖਿਆ ਇਹੋ ਜਿਹਾ, ਪਰ ਮੈਂ ਕੋਲੇ ਨਹੀਂ ਸੀ ਵੀ ਕੀ ਗੱਲ ਹੋਈ ਹੈ, ਇਹ ਗੱਲ ਦਾ ਨਹੀਂ ਪਤਾ ਮੈਨੂੰ। ਤੁਸੀਂ ਦੇਖਿਆ ਬਜ਼ੁਰਗੋ, ਕਿੰਨੀ ਉਮਰ ਹੋ ਗਈ ਇਹੋ ਜਿਹਾ ਐਮਐਲਏ ਪਹਿਲਾਂ ਆਪਦੀ ਉਮਰ 'ਚ ਦੇਖਿਆ ਹੋਵੇ ਜਿਹੜਾ ਕਹਿੰਦਾ ਹੋਵੇ ਵੀ ਮੈਂ ਸਰਪੰਚ ਲਈ ਥੱਪੜ ਮਾਰੂ? ਮੈਂ ਤਾਂ ਕੱਲ ਫੇਰ ਸੀਗਾ। ਨਹੀਂ, ਤੁਸੀਂ ਆਪਦੀ ਉਮਰ 'ਚ ਪਹਿਲਾਂ ਦੇਖਿਆ ਹੋਵੇ, ਕੋਈ ਬਾਦਲਾਂ ਵੇਲੇ ਦੇਖਿਆ ਹੋਵੇ ਜਾਂ ਕੈਪਟਨਾਂ ਵੇਲੇ ਦੇਖਿਆ ਹੋਵੇ? ਉਮਰ ਹਾਂ 73 ਸਾਲ ਹੈ। ਇਹੋ ਜਿਹਾ ਮੈਂਬਰ ਵੀ ਨਹੀਂ ਦੇਖਿਆ ਕੋਈ। ਹਾਂਜੀ, ਮੈਂਬਰ ਵੀ ਨਹੀਂ ਦੇਖਿਆ, ਐਮਐਲਏ ਦਾ ਕੀ ਦੇਖਣਾ ਸੀ, ਜਿਵੇਂ ਉਹ ਬੋਲਿਆ ਇੰਨੀਆਂ ਬੁੜੀਆਂ ਤੇ ਇਹੋ ਜਿਹਾ ਬੋਲਿਆ ਇਹਨੂੰ ਸਰਪੰਚ ਨੂੰ, ਹਦਕ ਨਹੀਂ ਸਾਡੇ ਪਿੰਡ ਦੀ, ਹਦਕਾ ਪਿੰਡ ਨੂੰ ਹੀ ਬੋਲ ਗਿਆ ਉਹ। ਮੈਂਬਰ ਕਹਿੰਦਾ ਸਾਡੀਆਂ ਵੋਟਾਂ ਪਾਇਆ ਆ ਦਿੱਤਾ ਉਹਨੇ ਫਲ। ਕਹਿੰਦੇ ਸਰਪੰਚ ਦਾ ਪਿੰਡ ਦੀ ਪੱਗ ਹੁੰਦੇ ਨੇ। ਹਾਂ, ਫਿਰ ਸਾਡੀ ਤਾਂ ਪੱਗ ਉਹ ਸਿੱਟ ਗਿਆ ਪੈਰਾਂ 'ਚ ਉਹਦੇ, ਸਾਡਾ ਕੀ ਰਹਿ ਗਿਆ ਹੁਣ ਇੱਥੇ? ਕਿੱਥੇ ਭਗਵੰਤ ਮਾਨ ਕਹਿੰਦਾ ਸੀ ਮੈਂ ਬਣਾ ਦੂੰ, ਐਂ ਬਣਾ ਦੂੰ, ਸਾਡਾ ਕੀ ਸੁਣ ਲੈਣ? ਆਮ ਆਦਮੀ ਦੀ ਕਹਿੰਦਾ ਸੀ ਕੀ ਸਾਡਾ ਕਰ ਗਏ ਇਹ? ਕਿੱਥੇ ਜਾਵਾਂਗੇ ਅਸੀਂ ਦਵਾਈ ਬੂਟੀ ਲੈਣ? ਹਿਸਾਬ ਲਾਓ ਤੁਸੀਂ, ਅਸੀਂ ਕਿੱਥੇ ਜਾਵਾਂਗੇ? ਐਡਾ ਪਿੰਡ ਆ ਸਾਡਾ, ਕਿੱਥੇ ਲਾਵਾਂ ਪਿੰਡਾਂ ਦੇ ਵੀ ਇੱਥੇ ਆਉਂਦੇ 12-13 ਪਿੰਡਾਂ ਦੇ, ਕਿਤੇ ਬੁਰਜ ਬਣਾਉਂਦੇ ਜਾਂ ਢਿਲਵੀਂ ਬਣਾਉਂਦੇ, ਮੌੜੀ ਬਣਾਉਂਦੇ, ਇੱਥੇ ਲੀਲੋ ਕੋਠੀ ਬਣਾਉਂਦੇ, ਉਹ ਕੋਠੇ ਸੀ ਉੱਥੇ ਬਣਾਉਂਦੇ। ਹਾਂ, ਉਹ ਬਣੀ ਬਣਾਈ ਆਹ ਜਗ੍ਹਾ ਕਿਹੋ ਜਿਹੀ ਇੱਥੇ ਬਣਾਉਂਦੇ, ਜੋ ਸਰਪੰਚ ਕਹਿੰਦਾ ਵੀ ਤੈਨੂੰ ਅਸੀਂ ਥਾਂ ਦਿੰਦੇ, ਜਗ੍ਹਾ ਦਿੰਦੇ ਹਾਂ, ਚਾਹ ਪਾਣੀ ਵੀ ਦਿਆ ਕਰਾਂਗੇ, ਸਾਰਾ ਕੁਝ ਦੇਵਾਂਗੇ, ਵੀ ਇੱਥੇ ਬਣਾਓ ਜਿੱਥੇ ਮਰਜ਼ੀ। ਧੱਕੇ ਨਾਲ ਬਣਾ ਕੇ ਗਏ ਆ। ਧੱਕੇ ਨਾਲ ਬਣਾ ਕੇ? ਧੱਕੇ ਨਾਲ ਹੀ ਬਣਾਇਆ ਜੀ, ਹੋਰ ਕੀ ਆ? ਕਹਿੰਦੇ ਅੰਦਰ ਨਹੀਂ ਬਣਨ ਦਿੱਤਾ? ਨਾ, ਕਿਸੇ ਨੂੰ ਨਹੀਂ ਬਣ ਦਿੱਤਾ। ਹੋਰ ਤੁਸੀਂ ਦੇਖਿਆ ਹੀ ਇਹ ਬੋਲਣਾ ਨਹੀਂ ਹੈਗਾ ਤੁਸੀਂ ਬਈ? ਅਸੀਂ ਇਕੱਲੇ ਬੰਦੇ ਨੂੰ ਪੁੱਛ ਰਹੇ ਹਾਂ ਤਾਂ ਕਿ ਕਿਸੇ ਦੇ ਦਿਲ ਦੇ ਵਿੱਚ ਗਿਲਾ ਨਾ ਰਹੇ ਕਿ ਸਾਡੇ ਲੀਡਰ ਨੂੰ ਮਾੜਾ ਕਹਿ ਗਏ ਜਾਂ ਸਾਡੇ ਲੀਡਰ ਦੇ ਬਾਰੇ ਦੂਜੇ ਲੋਕਾਂ ਨੂੰ ਪੁੱਛ ਗਏ। ਤੁਸੀਂ ਬੋਲਣਾ ਜੀ ਕੁਛ? ਕੀ ਲੱਗਦਾ ਕੀ ਆ ਕੱਲ ਜਿਹੜਾ ਕੁਛ ਹੋਇਆ ਇੱਥੇ ਪਿੰਡ 'ਚ? ਪਿੰਡ 'ਚ ਤਾਂ ਕੱਲ ਬਹੁਤ ਉਹ ਜਿਹੜਾ ਐਮਐਲਏ ਸੀ ਬਹੁਤ ਗਲਤ ਬੋਲ ਕੇ ਗਿਆ। ਐਡਾ ਐਮਐਲਏ ਮਾੜਾ ਸਾਨੂੰ ਅੱਜ ਤਾਈਂ ਨਹੀਂ ਮਿਲਿਆ ਹੈ। ਅੱਜ ਨਾ ਹੁਣ ਅਸੀਂ ਉਹ ਪਿੰਡ 'ਚ ਵੜਨ ਦੇਣਾਗਾ। ਸਰਪੰਚ ਨੂੰ ਸਾਡੇ ਨੂੰ ਇਹੋ ਜਿਹਾ ਸਰਪੰਚ ਆ ਬਹੁਤ ਵੱਧ ਕੇ ਬਹੁਤ ਗਲਤ ਬੋਲ ਗਿਆ। ਇਹ ਜੇ ਐਮਐਲਏ ਤੋਂ ਤਾਂ ਅਸੀਂ ਬਿਨਾਂ ਹੀ ਚੰਗੇ ਆ। ਸਾਨੂੰ ਕਹਿੰਦਾ ਵੀ 13 ਮੰਜੇ ਦਾ ਹਸਪਤਾਲ ਦੇਵਾਂਗੇ ਸਾਨੂੰ। ਹੁਣ ਜਿਹੜਾ ਸਾਡਾ ਹੈਗਾ ਜਿੰਨਾ ਕੁ ਉਹ ਵੀ ਚੱਕੀ ਜਾਂਦਾ, ਕਹਿੰਦਾ ਮੈਂ ਇਹ ਵੀ ਚੱਕ ਨੂੰ ਉਹਦਾ ਕੀ ਦੇਣਾ ਜੀ, ਕੁਛ ਹੋਰ ਹੀ ਬਣਾਈ ਜਾਂਦਾ। ਮੈਨੂੰ ਉਹਦਾ ਪਤਾ ਲੱਗਦਾ ਵੀ ਕੀ ਬਣਾਉਂਦਾ, ਕੋਈ ਦੁਕਾਨ ਬਣਾਉਂਦਾ ਕੀ ਬਣਾਉਂਦਾ। ਇਹਨੂੰ ਕਹਿੰਦੇ ਵੀ ਗਾਹਾਂ ਨੂੰ ਸਾਡੇ ਪਿੰਡ 'ਚ ਨਾ ਵੜੇ, ਬਸ ਅਸੀਂ ਤਾਂ ਇਹ ਤੋਂ ਬਿਨਾਂ ਹੀ ਚੰਗੇ ਆ। ਕਹਿ ਦਈਏ ਵੀ ਗਾਹਾਂ ਨੂੰ ਨਾ ਬੜੇ ਸਹਿਣੇ 'ਚ? ਕਹਿੰਦੇ ਵੀ ਸਾਡੇ ਪਿੰਡ 'ਚ ਨਾ ਵੜੇ ਐਮਐਲਏ, ਅਸੀਂ ਤਾਂ ਇਹ ਤੋਂ ਬਿਨਾਂ ਹੀ ਚੰਗੇ ਆਂਗੇ। ਬਸ ਸਾਡੇ ਸਰਪੰਚ ਨੂੰ ਬਹੁਤ ਗਲਤ ਬੋਲ ਕੇ ਗਿਆ ਹੈ। ਪਛਤਾਉਣੇ ਹੋ ਹੁਣ? ਪਛਤਾਉਣੇ ਹੋ ਵੀ ਜਾਂ ਬਾਦਲਾਂ ਨੂੰ ਹੀ ਵੋਟ ਪਾ ਕੇ ਜਿਤਾ ਦਿੰਦੇ ਜਾਂ ਚੰਨੀ ਵਰਗਿਆਂ ਨੂੰ ਜਿਤਾ ਦਿੰਦੇ? ਅਸੀਂ ਤਾਂ ਜਮਾ ਪਛਤਾਉਨੇ ਆ। ਸਾਨੂੰ ਤਾਂ ਪਤਾ ਨਹੀਂ ਸੀ ਵੀ ਅਸੀਂ ਤਾਂ ਕਿ ਵੀ ਗਰੀਬ ਘਰ ਦਾ ਪੁੱਤਾ ਚੱਲ ਬਣਾ ਦਿੰਨੇ ਆ। ਇਹਨੂੰ ਤਾਂ ਸਹੁਰੇ ਨੂੰ ਜਮਾ ਹੀ ਮੱਤ ਨਹੀਂ, ਨਾ ਸੂਹਾਂ ਨਾ ਸੱਪਾਂ। ਇਹਨੇ ਤਾਂ ਬਹੁਤ ਗਲਤ ਬੋਲ ਕੇ ਗਿਆ ਸਾਡੇ ਪਿੰਡ 'ਚ, ਨਜਾਇਜ਼ ਜੀ। ਇਦੋਂ ਮੁੜ ਕੇ ਮੈਂ ਤੁਹਾਨੂੰ ਦੱਸਦਾ ਵੀ ਸਾਡੇ ਪਿੰਡ 'ਚ ਨਾ ਬੜੇ, ਬਸ ਇਹ ਤੋਂ ਬਿਨਾਂ ਹੀ ਚੰਗੇ ਸੀ। ਤਾਂ ਨਾ ਸਾਨੂੰ ਇਹਦੀ ਮਦਦ ਦੀ ਲੋੜ ਆ, ਨਾ ਸਾਨੂੰ ਇਹਦੇ ਕੋਈ ਪਿਆਰ ਦੀ ਲੋੜ ਆ। ਸਾਨੂੰ ਇਹਨੂੰ ਸਾਡੇ ਪਿੰਡ 'ਚ ਬੜੇ ਹੀ ਨਾ, ਬਸ ਆਹੀ ਗੱਲ ਆ, ਹੋਰ ਗੱਲ ਕੋਈ ਨਹੀਂ ਹੈ। ਬਿਲਕੁਲ, ਤਾਂ ਇਹਨਾਂ ਨੇ ਤਾਂ ਬਾਈਕਾਟ ਹੀ ਕਰਤਾ ਜੀ, ਸਾਡੇ ਪਿੰਡ 'ਚ ਹੀ ਨਾ ਬੜੇ। ਇਧਰਲੇ ਪਾਸੇ ਕਿੰਨੀ ਉਮਰ ਹੋ ਗਈ ਬਜ਼ੁਰਗੋ ਤੁਹਾਡੀ ਕਿੰਨੀ ਉਮਰ ਹੋ ਗਈ? ਸਾਡੀ ਤਾਂ ਉਮਰ ਜੀ 85-86 ਸਾਲ ਦੀ। ਅਸੀਂ ਤਾਂ ਐਂ ਦੇਖਦੇ ਸੀ ਵੀ ਉੱਥੇ ਪੋਸਟਮਾਰਟ ਹੋਏ ਨੇ ਪਹਿਲੇ ਬੰਦੇ ਦੇ ਅੰਗਰੇਜ਼ਾਂ ਦੇ ਰਾਜ ਵੇਲੇ, ਤੇ ਹੁਣ ਉਹਨੂੰ ਚੱਕ ਰਹੇ ਨੇ। ਚੱਕਿਆ ਕਾਹਤੋਂ ਜਾਂਦਾ?
ਅਸੀਂ ਤਾਂ ਕਹਿੰਦੇ ਉੱਥੇ 18-20 ਮੰਜਿਆਂ ਦਾ ਹਸਪਤਾਲ ਬਣਨ ਦਾ ਆਰਡਰ ਹੋਣਾ ਚਾਹੀਦਾ ਸਰਕਾਰ ਵੱਲੋਂ ਬਸ। ਬਿਲਕੁਲ। ਤਾਂ ਅਸੀਂ ਇੱਥੇ ਗੱਲਾਂ ਬਾਤਾਂ ਕਰੀਆਂ ਨੇ, ਤੁਹਾਨੂੰ ਤਕਰੀਬਨ ਜਿਹੜੀ ਕਿ ਸਾਰੀ ਰਿਪੋਰਟ ਆ ਉਹ ਦਿਖਾ ਦਿੱਤੀ ਆ। ਹੁਣੇ ਆਏ ਹੋ ਬਜ਼ੁਰਗੋ ਘਰੋਂ? ਤੁਰੇ ਹੀ ਆਏ ਹੋ? ਹਾਂਜੀ ਤੁਰੇ ਆਏ। ਕੱਲ ਇੱਥੇ ਕਹਿੰਦੇ ਖਾਸਾ ਕੁਛ ਰੌਲਾ ਪੈ ਗਿਆ, ਕਹਿੰਦੇ ਕਾਫੀ ਕੁਛ ਵਾਪਰ ਗਿਆ। ਪਤਾ ਲੱਗਿਆ ਮੈਂ ਹੈ ਨਹੀਂ ਸੀ ਇੱਥੇ, ਬਾਹਰ ਸੀਗਾ ਮੈਂ, ਹੈ ਨਹੀਂ ਸੀ ਇੱਥੇ। ਪਹਿਲਾਂ ਦੇਖਿਆ ਉਹਦੀ ਉਮਰ ਦੇ ਵਿੱਚ ਅਜਿਹਾ ਕੁਛ ਹੁੰਦਾ? ਮੈਂ ਇਹੋ ਜਿਹਾ ਕੁਛ ਨਹੀਂ ਦੇਖਿਆ ਜੀ, ਨਹੀਂ ਦੇਖਿਆ ਜੀ। ਦੇਖਿਆ ਬਥੇਰੇ, ਚਲੋ ਸਿਆਸੀ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਆਪਦੇ ਚਾਰ ਰੱਖਦੀਆਂ ਵੀ ਚਲੋ ਚੰਗੀ ਗੱਲ ਹੈ ਜੇ ਉਹ ਪਿੰਡ ਦਾ ਕੋਈ ਕੰਮ ਹੁੰਦਾ ਸੀ। ਪਰ ਜਦੋਂ ਸਰਪੰਚ ਸਾਹਿਬ ਨੇ ਸੁਝਾਅ ਦਿੱਤੇ ਤਾਂ ਮੰਨ ਲੈਣਾ ਚਾਹੀਦਾ ਸੀ। ਵੀ ਗੱਲ ਸੁਣੀ ਹੈ, ਗੱਲ ਵੀ ਰੌਲਾ ਪਿਆ ਜਿਸ ਗੱਲ ਕਰਤੀ ਵੀ ਜੇ ਉਹਨਾਂ ਕੋਲ ਨਹੀਂ ਫੰਡ ਸੀ, ਬਿਲਡਿੰਗ ਸੀਗੀ ਇੱਥੇ, ਬਿਲਡਿੰਗ ਮਤਲਬ ਸਰਪੰਚ ਸਾਹਿਬ ਦੇ ਦਿੰਦੇ ਵੀ ਉੱਥੋਂ ਸਾਡੇ ਪਹਿਲਾਂ ਹੀ ਡਾਕਟਰ ਨਹੀਂ ਬਹਿੰਦਾ, ਸਾਡੇ ਪਹਿਲਾਂ ਹਸਪਤਾਲ ਬਣਿਆ ਵਾ, ਸਾਨੂੰ ਤਾਂ ਹੋਰ ਉੱਥੇ ਮਤਲਬ ਬਿਸਤਰਿਆਂ ਦਾ ਚਾਹੀਦਾ। और बार मैं सफाई सेवक सारे पिंड का भाई, मैं कहना सफाई सेवक आज दिन लेकर मैं दूजा नहीं है ਜੀ। ਹਾਂਜੀ, ਤਾਂ ਅਸੀਂ ਇੱਥੇ ਜਿਹੜੀ ਗੱਲਬਾਤ ਹੈ ਸਫਾਈ ਸੇਵਕ ਨੇ, ਉਹਨਾਂ ਨੇ ਵੀ ਇੱਧਰ SHO ਸਾਹਿਬ ਲੰਘੇ ਹੈਗੇ, ਕਿੱਧਰ ਲੰਘੇ SHO ਸਾਹਿਬ? ਸਿਮਰਨਜੀਤ ਸਿੰਘ ਮਾਨ ਵੀ ਪਹੁੰਚ ਚੁੱਕੇ ਨੇ, ਤੁਸੀਂ ਦੇਖ ਸਕਦੇ ਹੋ ਤਸਵੀਰ ਆ। ਸਰਦਾਰ ਸਿਮਰਨਜੀਤ ਸਿੰਘ ਮਾਨ ਪਹੁੰਚੇ ਨੇ, ਤਾਂ ਅਸੀਂ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕੱਲ ਕਾਫੀ ਕੁਝ ਵਾਪਰਿਆ ਇੱਥੇ। ਸਪੋਰਟ ਦੀ ਗੱਲ ਕਰ ਰਹੇ ਨੇ ਸਿਮਰਨਜੀਤ ਸਿੰਘ ਮਾਨ, ਸੰਗਰੂਰ ਤੋਂ MP ਜਿੱਤੇ ਹੋਏ ਨੇ ਜਿਮਨੀ ਚੋਣ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਅੱਜ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਇੱਥੇ ਤੁਹਾਨੂੰ ਅਸੀਂ ਤਸਵੀਰ ਦਿਖਾ। ਸਿਮਰਨਜੀਤ ਸਿੰਘ ਮਾਨ ਜਿੰਦਾਬਾਦ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ। ਤਾਂ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਨਾਲ ਗੁਰਜੰਟ ਸਿੰਘ ਕੱਟੂ, ਰਣਦੀਪ ਸਿੰਘ, ਤਾਂ ਇਹ ਸਾਰੇ ਜਿਹੜੇ ਪਾਰਟੀ ਦੇ ਮੈਂਬਰ ਨੇ ਉਹ ਵੀ ਪਹੁੰਚੇ ਨੇ। ਤਾਂ ਇੱਥੇ ਅਸੀਂ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਤੁਸੀਂ ਦੇਖ ਸਕਦੇ ਹੋ, ਇੱਕ ਪਾਸੇ MLA ਗਾਲਾਂ ਕੱਢਦੇ ਨੇ ਤਾਂ ਦੂਜੇ ਪਾਸੇ MP ਮਾਨ ਸਨਮਾਨ ਦਿੰਦੇ ਨੇ। ਤਾਂ ਸਾਡੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ। ਇੱਕ ਪਾਸੇ ਫੰਡ ਦੇ ਕੇ ਜਾਂਦੇ ਨੇ ਸੈਣਾ ਪਿੰਡ ਨੂੰ, ਤਾਂ ਇੱਕ ਪਾਸੇ MLA ਗਾਲਾਂ ਕੱਢਦੇ ਦਿਖਾਈ ਦਿੰਦੇ ਨੇ। ਤਾਂ ਅਸੀਂ ਇਸ ਮਾਨ ਸਾਹਿਬ ਨੇ 5 ਲੱਖ ਦਾ ਐਲਾਨ ਕੀਤਾ ਹਸਪੀਟਲ ਨੂੰ, ਜਿਹੜੇ ਹਸਪੀਟਲ ਦੀ ਗੱਲ ਨੂੰ ਲੈ ਕੇ ਸਰਪੰਚ ਨੂੰ ਗਾਲਾਂ ਕੱਢੀਆਂ MLA ਦੇ ਵੱਲੋਂ। ਮਾਨ ਸਾਹਿਬ, ਤੁਸੀਂ 5 ਲੱਖ ਦਾ ਐਲਾਨ ਕਰਦੇ ਹੋ, ਦੂਜੇ ਪਾਸੇ MLA ਗਾਲਾਂ ਕੱਢ ਰਹੇ ਨੇ। ਚਲੋ ਫਿਰ ਇਹਦਾ ਤਾਂ ਇਹ ਜਵਾਬ ਨਹੀਂ ਨਾ ਦੇ ਸਕਦੇ ਕੁਛ ਵੀ, ਕਿਉਂ ਕਰਕੇ ਸਰਪੰਚ ਬੁਨਿਆਦ ਹੈ ਸਾਡੀ ਜਮਹੂਰੀਅਤ ਦੀ ਜੀ, ਤੇ ਇਹਦੇ ਨਾਲ ਖੜਨਾ ਹਰੇਕ ਆਦਮੀ ਨੂੰ ਚਾਹੀਦਾ ਹੈਗਾ। ਕਿਉਂ ਕਰਕੇ ਹਰੇਕ ਆਦਮੀ ਦੇ ਦੁੱਖ ਸੁੱਖ ਸਰਪੰਚ ਸੁਣਦਾ ਹੈ, MLA ਨਹੀਂ ਸੁਣ ਸਕਦਾ, MP ਨਹੀਂ ਸੁਣ ਸਕਦਾ, ਹੋਰ ਕੋਈ ਨਹੀਂ ਸੁਣ ਸਕਦਾ। ਸਰਪੰਚ ਹੈ ਜਿਹੜਾ ਸਾਰੇ ਦੁੱਖ ਤਕਲੀਫ ਸੁਣਦਾ ਹੈਗਾ, ਤੇ ਇਹਦੀ ਇੱਜ਼ਤ ਹੋਣੀ ਚਾਹੀਦੀ ਹੈ, ਨਾ ਕਿ ਇਹਨੂੰ ਡਰਾਵੇ ਦੇਣੇ ਚਾਹੀਦੇ ਮਾਨ ਆ। ਸਾਹਿਬ, ਜਿਹੜਾ ਤੁਸੀਂ ਪਰਚੀ ਦੀ ਗੱਲ ਕਰੀ ਹੈ, ਇਹ ਮੁੱਦਾ ਜਿਹੜਾ ਇਹ ਗਾਲਾਂ ਕੱਢੀਆਂ ਗਈਆਂ MLA ਦੇ ਵੱਲੋਂ, ਤੁਸੀਂ ਲੋਕ ਸਭਾ ਦੇ ਵਿੱਚ ਇਹ ਚੁੱਕੋਗੇ? ਜੇ ਟਾਈਮ ਮਿਲਿਆ ਤਾਂ ਚੱਕਾਂਗੇ, ਪਰ ਇਹ ਮੇਰਾ ਮਤਲਬ ਹੋਰ ਬੜੇ ਮੁੱਦੇ ਹੁੰਦੇ ਹੈ ਤੇ ਵਿੱਚ ਗੱਲ ਕਰਦਿਆਂ ਫਸਾ ਸਕਾਂਗੇ ਕਿਸੇ ਗੱਲਬਾਤ ਦੇ ਵਿੱਚ। ਜੀ ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ, ਤੁਸੀਂ ਦੇਖ ਸਕਦੇ ਹੋ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਸਾਡੇ ਨਾਲ ਮੌਜੂਦ ਸਨ, ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰੀ ਆ। ਤਾਂ ਅੱਜ ਸਰਪੰਚ ਦੇ ਹੱਕ ਦੇ ਵਿੱਚ ਪਹੁੰਚੇ ਸੀ, ਸਿਮਰਨਜੀਤ ਸਿੰਘ ਮਾਨ। ਤਾਂ ਇੱਥੇ ਇੱਕ ਪਾਸੇ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਇੱਕ ਪਾਸੇ ਲੋਕਾਂ ਦੇ ਵੱਲੋਂ ਚੁਣੇ ਹੋਏ ਸਰਪੰਚ ਨੂੰ, ਲੋਕਾਂ ਦੇ ਵੱਲੋਂ ਹੀ ਚੁਣੇ ਹੋਏ MLA ਦੇ ਵੱਲੋਂ ਗਾਲਾਂ ਕੱਢੀਆਂ ਗਈਆਂ, ਤਾਂ ਦੂਜੇ ਪਾਸੇ ਲੋਕਾਂ ਦੇ ਵੱਲੋਂ ਚੁਣੇ ਹੋਏ MP ਦੇ ਵੱਲੋਂ ਪਿੰਡ ਨੂੰ ਫੰਡ ਦੀ ਗੱਲ ਕਰੀ ਗਈ। 5 ਲੱਖ ਦਾ ਐਲਾਨ ਕੀਤਾ ਗਿਆ ਕਿ ਉਸੇ ਹਸਪੀਟਲ ਦੇ ਵਿੱਚ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਤਾਂ ਅਸੀਂ ਆਪਣੇ ਫੰਡ ਦੇ ਵਿੱਚੋਂ 5 ਲੱਖ ਰੁਪਇਆ ਦੇਵਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਗਰਾਊਂਡ ਜ਼ੀਰੋ ਤੇ ਰਿਪੋਰਟ ਆ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਸਾਰੇ ਪਿੰਡ ਨੂੰ, ਕੱਲੇ ਸਰਪੰਚ ਨੂੰ ਨਾ, ਸਾਰੇ ਪਿੰਡ ਨੂੰ ਕੱਢੀਆਂ ਜਾਂ ਇੱਥੇ ਆਏ ਦਿਨ ਬੰਨ ਸਾਡੇ ਨਾਲ, ਅੱਜ ਤੇ ਮਰਜ਼ੀ ਆਏ ਹਾਂ। ਸਾਰੇ MLA ਲੈਬ ਸ਼ੱਕ ਆਪਦੇ। ਕਿੰਨੀ ਉਮਰ ਹੋ ਗਈ ਬਾਬਾ ਤੁਹਾਡੀ? 80 ਸਾਲ ਦੀ ਹੋ ਗਈ ਜੀ। 80 ਸਾਲਾਂ ਦੀ ਦੇਖਿਆ ਪਹਿਲਾਂ ਕੋਈ ਅਜਿਹਾ MLA MP ਜਿਹੜਾ ਪਿੰਡ ਨੂੰ ਆ ਕੇ ਬੋਲੇ? ਸਾਰੇ ਉੱਤੇ ਫਿਰਦੇ ਨਾਲ, ਤੁਰੇ ਫਿਰਦੇ ਇਹਦੇ ਨਾਲ ਹੀ ਸਾਰੀ। ਹੁਣ ਪਹਿਲਾਂ ਮੁੱਢਾ ਸੀ ਇਹਦੇ, ਇਹ ਗਜ਼ਾਰਾ ਨਾ ਤਾਂ ਕਿੱਥੇ ਰੁਲਦੇ ਆ। ਸੱਚਾ ਮੋਬਾਈਲ ਵੇਚਦਾ, ਟਰਾਂਸਫਾਰਮ ਵੇਚਦਾ, ਚੋਰ
ਖੜਾ ਕਰਕੇ ਉਹ ਬਣਾਤਾ। ਚੋਰ ਨੇ ਚੋਰੀ ਵਾਲੀ ਗੱਲ ਕੀਤੀ, ਬਦਮਾਸ਼ਾਂ ਵਾਲੀ ਗਾਲਾਂ ਕੱਢ ਗਿਆ। ਤੇ ਕੱਲ ਇੱਥੇ ਹੁੰਦੇ ਤਾਂ ਫਿਰ ਢਿੱਡ ਨਾ ਪਾੜ ਦਿੰਦੇ, ਸ਼ੱਕ ਅੰਦਰ ਜਾ ਵੜਦੇ ਤਾਂ ਇੱਕ ਜਾਂਦੀ ਅੰਦਰ ਵੀ ਬੰਦੇ ਜਾਂਦੇ ਨੇ ਕਿਹੜਾ ਹੋਣਾ। ਬਹੁਤ ਵੱਡੀ ਗਲਤੀ ਕੀਤੀ ਹੈ ਇਹਨਾਂ ਨੇ, ਬਹੁਤ ਬੇਕੂਫੀ ਕੀਤੀ ਹੈ। ਇਦੋਂ ਬੇਕੂਫੀ ਹੋਰ ਕੋਈ ਹੋ ਸਕਦੀ ਆ। ਸਰਪੰਚ ਨੂੰ ਉਹਦੇ ਪਿਓ ਦੇ ਕਾਤਲ ਨੂੰ ਆਪ ਕਹੇ ਹੋਵੇ ਅੰਦਰ, ਉਹਦਾ ਪਿਓ ਉਹ ਤਾਂ ਮਰਿਆ। ਅਸੀਂ ਕਹਿ ਰਹੇ ਉਹਦਾ ਪਿਓ ਉਹਨੇ ਮਾਰਿਆ ਆਪ। ਕੋਈ ਸਬੂਤ ਹੈ? ਤੁਸੀਂ ਇਹ ਗੱਲ ਬੜੀ ਵੱਡੀ ਕਹਿ ਰਹੇ ਹੋ ਅੱਜ ਇੱਥੇ ਖੜ ਕੇ ਲੋਕਾਂ ਦੀ, ਕਿਉਂਕਿ ਉਹ ਗੁੱਸੇ ਹੋ ਗਿਆ। ਉਹ ਕਿਹਦੇ ਨਾਲ ਮਰਿਆ? ਉਹਦੀ ਮਾਂ ਨਾਲ, ਉਹਦੇ ਨਾਲ ਤੋਇਆ। ਉਹ ਕਿਹਦੇ ਨਾਲ ਗੁੱਸੇ ਹੋਇਆ? ਦੱਸੇ ਕਿਹਦੇ ਨਾਲ ਗੁੱਸੇ ਹੋ ਕੇ ਮਰਿਆ? ਰਿਪੋਰਟ ਤਾਂ ਦੇਵੇ ਮੇਰਾ ਪਿਓ ਮਰਿਆ। ਉਹ ਤਾਂ ਕਹਿੰਦੇ ਅਟੈਕ ਆਇਆ, ਰਿਪੋਰਟਾਂ ਦਿੱਤੀਆਂ ਨੇ, ਕਹਿੰਦੇ ਰਿਪੋਰਟਾਂ ਦੇ ਵਿੱਚ ਅਟੈਕ ਘੜਾ ਦਿੱਤੀਆਂ ਜੀ ਪੈਸੇ ਤੇ MLA ਦਾ ਘੜਾ ਦਿੱਤੀਆਂ। ਬਾਈ ਖੜੇ ਨੇ। ਬਾਈ ਨੌਜਵਾਨੋ, ਕੱਲ ਤੁਹਾਡੇ ਪਿੰਡ ਦੇ ਸਰਪੰਚ ਦੇ ਨਾਲ ਕਾਫੀ ਵਧੀਕੀ ਹੋਈ ਹੈ ਇੱਕ। ਮੇਰੇ ਪਿੰਡ ਤਾਂ ਗਿੱਲ ਗੁੱਠੇ ਜਿਉਂ ਸਹਿਣੇ ਨਾਲ ਹੀ ਹੈ। ਹਾਂਜੀ ਆਜੋ ਉਰੇ ਨੂੰ ਆਜੋ ਬਾਬੇ, ਉਰੇ ਨੂੰ ਆਜੋ। ਅੱਜ ਅਸੀਂ ਗੱਲਾਂ ਕਰਨੇ ਆਏ ਆ ਪਿੰਡ ਦੇ ਨਾਲ। ਜਿੱਥੇ ਮਰਜ਼ੀ ਆ ਜੇ, ਇੱਥੇ ਮਰਜ਼ੀ ਜਦੋਂ ਮਰਜ਼ੀ ਆ ਜੇ। ਤੈਨੂੰ ਦੱਸ ਕੇ ਵੀ ਅਸੀਂ ਆਉਂ ਨਾ ਤੇਰਾ ਸਾਫ ਤੇ ਜਾਵੜਾ ਫਿਰ ਦੇਖ ਲਾਂਗੇ ਜੀ। ਗਾਂ ਸਣੇ ਕਦੀ ਮੂੰਹ ਵੀ ਕਰਕੇ ਤਾਂ ਕਹਿ ਲੋ ਜੀ, ਮੂੰਹ ਵੀ ਕਰਕੇ ਤਾਂ ਇਹ 76 ਪੈਣਗੇ। 76 ਤੁਸੀਂ ਕੋਲੇ ਸੀ ਪ੍ਰਧਾਨ ਜੀ? ਕੀ ਗੱਲਬਾਤ ਹੋਈ ਆ ਕੱਲ? ਕਿੱਥੋਂ ਸ਼ੁਰੂ ਹੋਈ ਆ, ਕਿੱਥੇ ਜਾ ਕੇ ਖਤਮ ਹੋ ਗਈ ਇਹ ਗੱਲ? ਗੱਲਬਾਤ ਸਾਡੇ ਮਿੰਨੀ ਹਸਪਤਾਲ ਅੱਡੇ ਤੇ ਬਲਾਕ ਕਰਨੀ। ਬਾਕੀ ਇਹ ਪਹਿਲਾਂ ਤੋਂ ਸੀਗਾ ਇੱਥੇ ਜਿਹੜੇ ਪੋਸਟਮਾਰਟਮ ਵੀ ਹੁੰਦੇ ਰਹੇ। ਅੰਗਰੇਜ਼ਾਂ ਵੇਲੇ ਦਾ ਹਸਪਤਾਲ ਆ ਇਹ। ਸਾਡੇ ਪਿੰਡ ਦੇ ਲਾਰਿਆਂ ਦਾ ਸਮਝਦਾ ਵੀ ਇਹ ਦਾਨ ਕੀਤੀ ਹੋਈ ਜ਼ਮੀਨ, ਪੰਚਾਇਤੀ ਜ਼ਮੀਨ ਨਹੀਂ, ਇਹਨੂੰ ਬਦਲ ਨਹੀਂ ਸਕਦੇ। ਪਹਿਲਾਂ ਕਲੇਰ ਸਰਪੰਚ ਜਦੋਂ ਬਣਿਆ ਸੀ ਉਦੋਂ ਇੱਥੋਂ ਹਸਪਤਾਲ ਬਦਲਣ ਦੀ ਗੱਲ ਕਰੀ ਸੀ। ਉਹ ਕਹਿੰਦੇ ਹਸਪਤਾਲ ਰੱਖ ਸਕਦੇ, ਬਦਲ ਨਹੀਂ ਸਕਦੇ। ਇੱਥੇ ਜਿਹੜੇ ਇਹਨਾਂ ਨੂੰ ਅਸੀਂ ਇਹ ਆਖਿਆ ਵੀ ਜਿਹੜੀ ਸਾਡੀ ਡਿਸਪੈਂਸਰੀ ਇਹ ਨਾ ਚੱਕੀ ਜਾਵੇ, ਇੱਥੇ ਜਿੰਨੇ ਮੁਲਾਜ਼ਮ ਆ ਪੂਰੇ ਕਰੇ ਜਾਣ। ਪੰਚਾਇਤ ਨੇ ਇਹ ਗੱਲ ਕਹੀ ਵੀ ਆਹ ਦੁਕਾਨਾਂ ਬਣੀਆਂ ਮੈਂ ਪੰਚਾਇਤ ਘਰ 'ਚ ਜਾਂ ਹੋਰ ਜਗ੍ਹਾ ਉਹ ਦੇ ਦਿੰਦੇ ਆ। ਨਹੀਂ ਤੁਹਾਨੂੰ ਜਿੱਥੇ ਚੰਗੀ ਲੱਗਦੀ ਆ, ਜੇ ਗੌਰਮੈਂਟ ਕੋਲ ਪੈਸੇ ਨਹੀਂ ਅਸੀਂ ਬਣਵਾ ਕੇ ਦੇ ਦਿੰਦੇ ਆ ਵੀ ਸਾਡੀ ਇਹ ਬਣੀ ਵੀ ਚੀਜ਼ ਨਾ ਚੱਕੀ ਜਾਵੇ। ਤੇ ਉਦੋਂ ਬਾਅਦ ਜਦੋਂ ਇਹ ਗੱਲਾਂ ਹੋਈਆਂ, ਜਿਹੜੇ ਇਹਨਾਂ ਦੇ ਵਰਕਰ ਸਾਨੂੰ ਕਹਿੰਦੇ ਹੁੰਦੇ ਸੀ ਮਾਨ ਸਾਹਿਬ ਤੋਂ 25 ਬਿਸਤਰਿਆਂ ਦਾ ਹਸਪਤਾਲ ਮੰਗੋ। ਮੈਂ ਕਿਹਾ ਇਹਦੇ 'ਚ ਇਹ ਕੋਟੇ 'ਚ ਹੁੰਦਾ ਨਹੀਂ ਵੀ ਹੁਣ ਤੁਹਾਡੀ ਸਰਕਾਰ ਆ ਗਈ। ਇਹਨਾਂ ਦੇ ਵਰਕਰ ਕਹਿੰਦੇ ਵੀ ਸੀਗਾ, ਜਿਹੜੀ ਸਰਪੰਚ ਨੇ ਗੱਲ ਕਹੀ ਵੀ ਤੁਸੀਂ 17 ਮੰਜਾ ਦਾ ਉਹ ਕਹਿੰਦੇ ਸੀ ਹਸਪਤਾਲ ਦੇਵਾਂਗੇ। ਇਹਨੂੰ ਕਹਿੰਦੇ ਝੂਠ ਬੋਲਦਾ। ਫਿਰ ਤਰਖੀ ਕਾ ਕੇ ਕਹਿੰਦਾ ਜੇ ਸਰਪੰਚ ਆਦਰੇ ਛਿੱਤਰ ਮਾਰ ਕੇ ਅੰਦਰ ਕੀਤਾ ਹੁੰਦਾ ਫਿਰ ਤੈਨੂੰ ਪਤਾ ਲੱਗਦਾ। ਇੱਕ ਨੂੰ ਬੋਲਿਆ, ਫਿਰ ਪ੍ਰਸ਼ਾਸਨ ਨੇ ਇਹਨੂੰ ਗਾਹਾਂ ਨੂੰ ਕਰ ਲੈਣਾ ਸੀ, ਉਸ 'ਚ ਭੱਟ ਹੁੰਦੀ। ਬਿਲਕੁਲ। ਤਾਂ ਇਹ ਪੂਰੀ ਜਿਹੜੀ ਕਹਾਣੀ ਹੋਈ ਆ ਇੱਥੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇੱਥੇ ਕਾਫੀ ਲੋਕਾਂ ਦੇ ਵਿੱਚ ਰੋਹ ਆ, ਗੁੱਸਾ ਗਾ ਕਿ ਸਾਡੇ ਪਿੰਡ ਦੇ ਸਰਪੰਚ ਨੂੰ ਆਖਰ ਇੱਕ ਐਵੇਂ ਬੋਲ ਕਿਵੇਂ ਗਿਆ। ਜਿਹੜਾ ਵਿਰੋਧ ਸੀਗਾ ਉਸ ਵਿਰੋਧ ਦੇ ਵਿੱਚ ਭਦੌੜ ਹਲਕੇ ਦੇ ਵਿਧਾਇਕ ਇਹ ਕਹਿੰਦੇ ਨਜ਼ਰ ਆਏ ਨੇ ਕਿ ਤੇਰੇ ਥੱਪੜੇ ਮਾਰੇ ਜਾਣਗੇ, ਤੈਨੂੰ ਥੱਲੇ ਸੁੱਟਿਆ ਜਾਊਗਾ। ਉਹ ਕੱਲਾ ਸਰਪੰਚ ਦੇ ਥੱਪੜ ਨਹੀਂ ਵੱਜਿਆ ਜੀ ਵੀਰ ਜੀ, ਉਹ ਸਾਰੇ ਪਿੰਡ ਦੇ ਵੱਜ ਗਿਆ। ਉਹਨਾਂ ਨੇ ਬਹੁਤ ਗਲਤ ਕਰਿਆ। ਸਰਪੰਚ ਸਾਹਿਬ ਦੇ ਨਾਲ ਸਾਰਾ ਪਿੰਡ ਆ ਜੀ ਖੜਾ। ਮੁਹੱਲਾ ਕਲੀਨਿਕ ਚਾਹੁੰਦੇ ਹੋ ਪਿੰਡ ਦੇ ਵਿੱਚ? ਇਹ ਗੱਲ ਸਾਰੇ ਲੋਕ ਚਾਹੁੰਦੇ ਨੇ। ਸਾਡੇ ਹਸਪਤਾਲ ਸੀਗੇ ਬਣਿਆ ਵੱਡਾ, ਹਸਪਤਾਲ ਚੱਕ ਕੇ ਸਰਪੰਚ ਸਾਹਿਬ ਕਹਿੰਦੇ ਸੀ ਇੱਥੇ ਸਾਨੂੰ ਜਗ੍ਹਾ ਦੇ ਦਿਓ, ਬਣੇ ਵੀ ਕਮਰੇ ਇੱਥੇ ਬਣਾ ਲਓ। ਉਹ ਤਾਂ ਇੱਕ ਜਿੱਦਬਾਜ਼ੀ ਵਾਲੀ ਗੱਲ ਹੈ ਜੀ। ਭਗਵੰਤ ਮਾਨ ਚ ਵਾਅਦਾ ਵੀ ਕਰਕੇ ਗਿਆ ਸੀ, ਕਹਿੰਦਾ ਮੈਂ 25 ਬਿਸਤਰਿਆਂ ਦਾ ਹਸਪਤਾਲ ਬਣਾਊਂ। ਇਹ ਵੀ ਸਟੇਜ ਤੇ ਬੋਲ ਕੇ ਗਿਆ ਸੀ। ਜੋ ਕੱਲ ਸਰਪੰਚ ਨੇ ਕਿਹਾ, ਕਹਿੰਦਾ ਇਹ ਕੀ ਕਰ ਰਹੇ ਹੋ? ਉਹ ਸਰਪੰਚ ਨੂੰ ਪੁੱਠਾ ਬੋਲਿਆ, ਕਹਿੰਦਾ ਤੇਰੇ ਮਾਰ ਕੇ ਲਫੇੜੇ ਤੈਨੂੰ ਅੰਦਰ ਛੱਡਿਆ ਵੇ, ਤੈਨੂੰ ਫੇਰ ਪਤਾ ਲੱਗੇ। ਇਹ ਕਹਿੰਦਾ ਜੀ ਇੱਥੇ ਫ੍ਰੀ ਟੈਸਟ ਹੋਇਆ ਕਰਨਗੇ। ਇਹਦੇ ਪਿੰਡ ਮਹੱਲਾ ਕਲੀਨਿਕ ਬਣਿਆ, ਜਾ ਕੇ ਪਹਿਲਾਂ ਉੱਥੇ ਦੇਖੋ ਵੀ ਉਹ ਕਿੰਨੇ ਕੁ ਟੈਸਟ ਹੁੰਦੇ ਆ। ਉੱਥੇ ਜਿੰਦਾ ਲੱਗਿਆ ਪਿਆ। ਜਿਹੜਾ ਮਾੜਾ ਮੋਟਾ ਇੱਥੇ ਗਰੀਬ ਜਨਤਾ ਨੂੰ ਸਹੂਲਤ ਮਿਲਦੀ ਸੀ ਉਹ ਵੀ ਗਈ। ਜੇ ਹੁਣ ਇਹ ਲੋਕ ਦੁਨੀਆ ਉੱਪਰ ਨੂੰ ਜਾ ਰਹੀ ਹੈ, ਸਾਡੇ ਪਿੰਡ ਨੂੰ ਥੱਲੇ ਨੂੰ ਲੈ ਕੇ ਜਾ ਰਹੇ ਆ। ਇਹ ਆਉਣਗੇ ਵੋਟਾਂ ਮੰਗਣ, ਫਿਰ ਕੀ ਉਹਨਾਂ ਨੂੰ ਪੁੱਛੋਗੇ ਕੋਈ ਗੱਲ? ਤਾਂ ਪਿੰਡ 'ਚ ਵੀ ਨਹੀਂ ਵੜਨ ਦਿੰਦੇ ਜੀ। ਉਹ ਜਿਹੇ ਬੰਦੇ ਨੂੰ ਵੀ ਸਾਡੇ ਪਿੰਡ 'ਚ ਖੁਸ਼ੀ ਆਵੇ, ਸਾਰਾ ਪਿੰਡ ਹੀ ਬਾਈਕਾਟ ਕਰੂਗਾ, ਵਾਢਿਆਂ ਲਾ ਉਹਨਾਂ ਨਾਲ। ਸਾਡਾ ਸਰਪੰਚ ਚੁਣਿਆ ਵਾ, ਸਾਰੇ ਪਿੰਡ ਦਾ ਚੁਣਿਆ ਵਾ। ਇਹ ਥੋੜਾ ਵੀ ਉਹਨੂੰ ਜਦੋਂ ਉਹਦੀ ਹੱਦ ਕਰ ਗਿਆ ਬਾਕੀ ਕੀ ਰਹਿ ਗਿਆ ਪਿੱਛੇ ਸਾਡੇ ਕੋਲ? ਆਪਣੀ ਉਮਰ ਦੇ ਵਿੱਚ ਕਦੇ ਦੇਖਿਆ ਸੀ ਇਹੋ ਜਿਹਾ ਕੁਝ MLA ਵੱਲੋਂ ਸਰਪੰਚ ਨੂੰ ਬੋਲਿਆ ਗਿਆ? ਅਸੀਂ ਇਹੋ ਜਿਹਾ ਬੰਦਾ ਅੱਜ ਤੱਕ ਦੇਖਿਆ ਹੀ ਨਹੀਂ ਸੀ। ਇਹ ਕਹਿੰਦਾ ਸੀ ਵੀ ਬਦਲਾਅ ਕਰੂੰਗਾ। ਹੁਣ ਥਾਂ ਥਾਂ ਤਾਂ ਚੋਰੀਆਂ ਹੋਈ ਜਾਂਦੀਆਂ, ਥਾਂ ਥਾਂ ਕੋਈ ਜਿੱਥੇ ਮਰਜ਼ੀ ਲੁੱਟ ਖੋਹ ਹੋਈ ਜਾਂਦੀ ਆ। ਆ ਸਾਡੇ ਪੜਾਂ ਵਾਲੇ ਰਾਹ ਦੇ ਵਿੱਚ ਕੋਈ ਨਹੀਂ ਲੰਘਣਾ ਦਿੰਦਾ ਹੈ। ਇਹਦੇ ਰਾਜ ਦੇ ਵਿੱਚ ਬਦਲਾਅ ਹੋਇਆ ਵਾ। ਕੁਲਚਿਆਂ ਵਾਲੇ ਤੋਂ ਵੀ ਪੈਸੇ ਖੋਹੀ ਜਾਂਦੇ। ਜੀ ਸਾਡੀ ਸਾਥੋਂ ਗਲਤੀ ਇੱਕ ਬਹੁਤ ਵੱਡੀ ਇਹ ਹੋ ਚੁੱਕੀ ਆ, ਜਿਹਦਾ ਅਸੀਂ ਅੱਜ ਖਮਿਆਜਾ ਭੁਗਤ ਰਹੇ ਹਾਂ ਕਿ ਅਸੀਂ ਵਿਰੋਧੀ ਧਿਰ ਹੀ ਨਹੀਂ ਰੱਖੀ। ਅਸੀਂ 92 ਦੀਆਂ 92 ਸੀਟਾਂ ਇਹਨਾਂ ਨੂੰ ਦੇ ਬੈਠੇ, ਜਦ ਕਿ ਵਿਰੋਧੀ ਧਿਰ ਹੁੰਦੀ ਤਾਂ ਅੱਜ ਇਹ ਇਹਨਾਂ ਗੱਲਾਂ ਤੇ ਨਾ ਉਤਰਦੇ, ਕਿਉਂਕਿ ਹੁਣ ਕੋਈ ਬੋਲਣ ਵਾਲਾ ਹੈ ਹੀ ਨਹੀਂ। ਅਸੀਂ ਬਖਸ਼ਦੇ ਨਹੀਂ ਸੀਗੇ। ਇੱਕ ਬੰਦਾ ਕੱਲ ਤਾਂ ਸਾਨੂੰ ਹੱਥ ਬੰਨ੍ਹ ਕੇ ਵੋਟਾਂ ਮੰਗਦਾ, ਮੇਰੀ ਮਦਦ ਕਰੋ। ਅਗਲੇ ਦਿਨ ਸਾਨੂੰ ਆ ਕੇ ਲਫੇੜੇ ਦਿਖਾਉਂਦਾ, ਕਹਿੰਦਾ ਤੁਹਾਨੂੰ ਜੇਲ੍ਹ 'ਚ ਸਿੱਟਿਆ ਹੋਵੇ, ਫਲਾਨਾ ਕਰਿਆ ਹੋਵੇ। ਉਹਨੂੰ ਅਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ? ਨਹੀਂ ਕਰਦੇ।
ਐਸਐਚਓ ਸਾਹਿਬ ਤੁਸੀਂ ਕੱਲ ਨਾਲ ਸੀਗੇ ਜਿਹੜੀ ਘਟਨਾ ਵਾਪਰੀ ਆ ਇੱਥੇ ਹੋਇਆ ਜੋ ਕੁਝ ਹੋਇਆ ਤੁਸੀਂ ਕੱਲ ਨਾਲ ਸੀਗੇ ਜਿਹੜਾ ਇੱਥੇ ਕੱਲ ਵਿਧਾਇਕ ਦੇ ਨਹੀਂ ਆਪਾਂ ਵੀ ਗੱਲ ਬਹੁਤ ਬਾਹਲੀ ਜ਼ਰੂਰੀ ਆ ਗੱਲ ਜਿਹੜੀ ਆਪਾਂ ਕਰ ਰਹੇ ਹਾਂ ਲੋਕਾਂ ਦੀ ਮਸਲਾ ਹੈਗਾ ਇਹਨੂੰ ਕਹਦੇ ਵੀ ਗਾਹਾਂ ਨੂੰ ਸਾਡੇ ਪਿੰਡ 'ਚ ਨਾ ਵੜੇ ਬਸ ਅਸੀਂ ਤਾਂ ਇਹ ਤੋਂ ਬਿਨਾਂ ਹੀ ਚੰਗੇ ਆ ਕਹਿ ਦਈਏ ਵੀ ਗਾਹਾਂ ਨੂੰ ਨਾ ਬੜੇ ਸਹਿਣੇ 'ਚ ਕਹਿੰਦੇ ਵੀ ਸਾਡੇ ਪਿੰਡ 'ਚ ਨਾ ਵੜੇ ਐਮਐਲਏ ਹੁਣ ਪਛਤਾਉਣੇ ਹੋ ਵੀ ਜਾਂ ਬਾਦਲਾਂ ਨੂੰ ਹੀ ਵੋਟ ਪਾ ਕੇ ਜਿਤਾ ਦਿੰਦੇ ਜਾਂ ਚੰਨੀ ਵਰਗਿਆਂ ਨੂੰ ਜਿਤਾ ਦਿੰਦੇ ਅਸੀਂ ਤਾਂ ਜਮਾ ਪਛਤਾਉਨੇ ਆ ਸਾਨੂੰ ਤਾਂ ਪਤਾ ਨਹੀਂ ਸੀ ਵੀ ਅਸੀਂ ਤਾਂ ਕਿ ਵੀ ਗਰੀਬ ਘਰ ਦਾ ਪੁੱਤਾ ਚੱਲ ਬਣਾ ਦਿੰਨੇ ਆ ਇਹਨੂੰ ਤਾਂ ਸਾਰੇ ਨੂੰ ਜਮਾ ਹੀ ਮੱਤ ਨਹੀਂ ਮਾਨ ਸਾਹਿਬ ਤੁਸੀਂ 5 ਲੱਖ ਦਾ ਐਲਾਨ ਕਰਦੇ ਹੋ ਦੂਜੇ ਪਾਸੇ ਐਮਐਲਏ ਗਾਲਾਂ ਕੱਢ ਰਹੇ ਨੇ ਕਿਉਂ ਕਰਕੇ ਹਰੇਕ ਆਦਮੀ ਦੇ ਦੁੱਖ ਸੁੱਖ ਸਰਪੰਚ ਸੁਣਦਾ ਹੈ ਐਮਐਲਏ ਨਹੀਂ ਸੁਣ ਸਕਦਾ ਐਮਪੀ ਨਹੀਂ ਸੁਣ ਸਕਦਾ ਹੋਰ ਕੋਈ ਨਹੀਂ ਸੁਣ ਸਕਦਾ ਸਰਪੰਚ ਹੈ ਜਿਹੜਾ ਸਾਰੇ ਦੁੱਖ ਤਕਲੀਫ ਸੁਣਦਾ ਹੈਗਾ ਗੱਲ ਕਰੀਏ ਇਹ ਮੁੱਦਾ ਜਿਹੜਾ ਇਹ ਗਾਲਾਂ ਕੱਢੀਆਂ ਐਮਐਲਏ ਦੇ ਵੱਲੋਂ ਤੁਸੀਂ ਲੋਕ ਸਭਾ ਦੇ ਵਿੱਚ ਇਹ ਚੁੱਕੋਗੇ ਜੇ ਟਾਈਮ ਮਿਲਿਆ ਤਾਂ ਚੱਕਾਂਗੇ ਪਰ ਇਹ ਮੇਰਾ ਮਤਲਬ ਹੋਰ ਬੜੇ ਮੁੱਦੇ ਹੁੰਦੇ ਆ ਕੱਲੇ ਸਰਪੰਚ ਨੂੰ ਨਾ ਕਹ ਸਾਰੇ ਪਿੰਡ ਨੂੰ ਕੱਢ ਗਏ ਜਾਂ ਇੱਥੇ ਆਏ ਦਿਨ ਬਾਲੇ ਸਾਡੇ ਨਾਲ ਅੱਜ ਤੇ ਮਰਜ਼ੀ ਆਏ ਹਾਂ ਸਾਰੇ ਐਮਐਲਏ ਲੈਬ ਸ਼ਕਾਬ ਦੇ ਇੰਨੀ ਜ਼ਿਆਦਾ ਪੁਲਿਸ ਬੁਲਾ ਲਈ ਤੁਹਾਨੂੰ ਪਤਾ ਹੁਣ ਵੀ ਅੱਜ ਗਲਾ ਵੀ ਦੁਖੀ ਜਾਂਦੇ ਆ ਕੱਲ ਉੱਥੇ ਇੰਨਾ ਰੋਸ ਪ੍ਰਦਰਸ਼ਨ ਹੋਇਆ ਲੋਕਾਂ ਨੇ ਇੰਨੀ ਭੈੜੀ ਹਾਲਤ ਕੀਤੀ ਵਿਧਾਇਕ ਨਾਲ ਜਦੋਂ ਉਹਨੇ ਇਹ ਗੱਲ ਕਹੀ ਵੀ ਤੈਨੂੰ ਥੱਪੜ ਮਾਰ ਕੇ ਸੱਤਾ ਦੇ ਨਸ਼ੇ 'ਚ ਕਿਹਾ ਵੀ ਜੇ ਤੈਨੂੰ ਥੱਪੜ ਮਾਰ ਕੇ ਅੰਦਰ ਸਿੱਟਿਆ ਹੁੰਦਾ ਤਾਂ ਤੈਨੂੰ ਪਤਾ ਲੱਗ ਜਾਂਦਾ ਪਰ ਉਹਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਸੀ 22000 ਆਬਾਦੀ ਵਾਲਾ ਇਹ ਕਸਬਾ ਗਾ ਇੱਥੇ ਮੁਹੱਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਦੀ ਸਾਨੂੰ ਲੋੜ ਨਹੀਂ ਉਹਦੇ ਪਿਓ ਦੇ ਕਾਤਲ ਨੂੰ ਆਪ ਕਹੇ ਹੋਵੇ ਅੰਦਰ ਉਹਦਾ ਪਿਓ ਉਹ ਤੋਂ ਮਰਿਆ ਅਸੀਂ ਕਹਿ ਰਹੇ ਉਹਦੇ ਪਿਓ ਉਹਨੇ ਮਾਰਿਆ ਆਪ ਵੀ ਸਬੂਤ ਹੈ ਤੁਸੀਂ ਇਹ ਗੱਲ ਬੜੀ ਵੱਡੀ ਕਹਿ ਰਹੇ ਹੋ ਅੱਜ ਇੱਥੇ ਖੜ ਕੇ ਲੋਕਾਂ ਨੇ ਕਿਉਂਕਿ ਸੋ ਪੰਜਾਬ ਸਰਕਾਰ ਦੇ ਵੱਲੋਂ ਮੁਹੱਲਾ ਕਲੀਨਿਕਾਂ ਦੀ ਗੱਲ ਕਰੀ ਗਈ ਤਾਂ ਮੁਹੱਲਾ ਕਲੀਨਿਕਾਂ ਨੂੰ ਦੇਖਦੇ ਹੋਏ ਪਿੰਡ ਸਹਿਣਾ ਦੇ ਵਿੱਚ ਕੱਲ ਇੱਕ ਵਿਰੋਧ ਦਾ ਸਾਹਮਣਾ ਕਰਨਾ ਪਿਆ ਤਾਂ ਅਸੀਂ ਅੱਜ ਪਿੰਡ ਸਹਿਣਾ ਦੇ ਵਿੱਚ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਇੱਥੇ ਪਿੰਡ ਦੇ ਲੋਕ ਵੀ ਇਕੱਠੇ ਹੋ ਰਹੇ ਨੇ ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹ ਮੁਹੱਲਾ ਕਲੀਨਿਕ ਚਾਹੁੰਦੇ ਨੇ ਜਾਂ ਨਹੀਂ ਚਾਹੁੰਦੇ ਤਾਂ ਤੁਸੀਂ ਪਹਿਲਾਂ ਇਹ ਤਸਵੀਰਾਂ ਦੇਖੋ ਇਸ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪੰਚਾਇਤ ਘਰ ਗ੍ਰਾਮ ਪੰਚਾਇਤ ਸਹਿਣਾ ਸੰਨ 2020 ਦੇ ਵਿੱਚ ਜਿਹੜਾ ਕਿ ਪੰਚਾਇਤ ਘਰ ਬਣਾਇਆ ਗਿਆ ਸੀ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦੇ ਵੱਲੋਂ ਤਾਂ ਉਸ ਦਾ ਕੱਲ ਭਦੌੜ ਹਲਕੇ ਦੇ ਵਿਧਾਇਕ ਦੇ ਨਾਲ ਵਿਰੋਧ ਸ਼ੁਰੂ ਹੋ ਗਿਆ ਜਿਹੜਾ ਵਿਰੋਧ ਸੀਗਾ ਉਸ ਵਿਰੋਧ ਦੇ ਵਿੱਚ ਭਦੌੜ ਹਲਕੇ ਦੇ ਵਿਧਾਇਕ ਇਹ ਕਹਿੰਦੇ ਨਜ਼ਰ ਆਏ ਨੇ ਕਿ ਤੇਰੇ ਥੱਪੜੇ ਮਾਰੇ ਜਾਣਗੇ ਤੈਨੂੰ ਥੱਲੇ ਸੁੱਟਿਆ ਜਾਊਗਾ ਅਜਿਹੀਆਂ ਗੱਲਾਂ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀਆਂ ਨੇ ਤਾਂ ਅਸੀਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਜਿਵੇਂ ਇੰਡੋਜ਼ ਟੀਵੀ ਤੇ ਅਸੀਂ ਤੁਹਾਨੂੰ ਇੱਕ ਇੰਟਰਵਿਊ ਸੁਖਵਿੰਦਰ ਸਿੰਘ ਕਲਕੱਤਾ ਦੀ ਦਿਖਾਈ ਆ ਤਾਂ ਉਸ ਇੰਟਰਵਿਊ ਦੇ ਚੱਲਦਿਆਂ ਹੀ ਅਸੀਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕਰੀ ਪਰ ਵਿਧਾਇਕ ਦਾ ਜਿਹੜਾ ਫੋਨ ਸੀ ਉਹਨਾਂ ਦੇ ਵੱਲੋਂ ਚੁੱਕਿਆ ਨਹੀਂ ਗਿਆ ਬਿਜੀ ਕਰ ਦਿੱਤਾ ਗਿਆ ਤਾਂ ਅਜਿਹੀਆਂ ਜਿਹੜੀਆਂ ਕਿ ਅਸੀਂ ਗੱਲਾਂ ਬਾਤਾਂ ਅੱਜ ਇੱਥੋਂ ਦੇ ਲੋਕਾਂ ਦੇ ਨਾਲ ਕਰਾਂਗੇ ਜਿਹੜੇ ਪਿੰਡ ਦੇ ਵਿੱਚੋਂ 4200 ਵੋਟ ਲਾਭ ਸਿੰਘ ਉਗੋਕੇ ਨੂੰ ਪਈ ਹੋਵੇ ਤਾਂ ਉਸ ਪਿੰਡ ਦੇ ਸਰਪੰਚ ਦੇ ਨਾਲ ਅਜਿਹੀ ਵਧੀਕੀ ਆਖਰ ਹੋਈ ਕਿਵੇਂ ਤਾਂ ਅਸੀਂ ਗੱਲਬਾਤ ਕਰਦੇ ਹਾਂ ਅੰਦਰ ਚੱਲਦੇ ਹਾਂ ਇਸ ਪੰਚਾਇਤ ਘਰ ਦੇ ਵਿੱਚ ਬਈ ਬਹੁਤ ਬਹੁਤ ਸਵਾਗਤ ਆ ਪਹਿਲਾਂ ਤੁਹਾਡਾ ਅਸੀਂ ਤੁਹਾਡੇ ਪਿੰਡ ਦੇ ਵਿੱਚ ਪਹੁੰਚੇ ਹਾਂ ਜਿਹੜੀ ਕੱਲ ਵਧੀਕੀ ਹੋਈ ਆ ਉਸ ਦਾ ਕੀ ਕਾਰਨ ਸੀ ਕਿਉਂ ਹੋਈ ਆ ਉਹ ਵਧੀਕੀ ਜੀ ਬਹੁਤ ਜ਼ਿਆਦਾ ਬਹੁਤ ਗਲਤ ਕਰਿਆ ਜੀ ਉਹਨਾਂ ਨੇ ਜੇ ਉਹ ਸਮੇਂ ਨੂੰ ਦੇਖਦੇ ਹੋਏ ਉਹ ਗੱਲ ਨੂੰ ਟਾਲ ਸਕਦੇ ਸੀਗੇ ਜੀ ਉਹਨਾਂ ਨੇ ਬਹੁਤ ਗਲਤ ਕਰਿਆ ਸਰਪੰਚ ਸਾਹਿਬ ਦੇ ਨਾਲ ਸਾਰਾ ਪਿੰਡ ਆ ਜੀ ਖੜਾ ਤੇ ਉਹਨਾਂ ਦੀ ਬਹੁਤ ਵੱਡੀ ਇਹ ਚੀਜ਼ ਤੇ ਗਲਤੀ ਆ ਨਲਾਇਕੀ ਆ ਜੇ ਐਮਐਲਏ ਆਮ ਲੋਕਾਂ ਨੇ ਚੁਣ ਕੇ ਇਹੋ ਜਿਹਾ ਕੁਝ ਕਰਨਗੇ ਤਾਂ ਲੋਕ ਕਿੱਥੇ ਜਾ ਕੇ ਆਪਣੀ ਸੁਣਵਾਈ ਕਰਨਗੇ ਬਸ ਮੈਂ ਤਾਂ ਇੰਨਾ ਕਹਿੰਦਾ ਹੋਇਆ ਜੀ ਬਈ ਜੀ ਮੁਹੱਲਾ ਕਲੀਨਿਕ ਚਾਹੁੰਦੇ ਹੋ ਕਿਉਂਕਿ ਪਿੰਡ ਦਾ ਸਰਪੰਚ ਵੀ ਲੋਕਾਂ ਦੇ ਵੱਲੋਂ ਚੁਣਿਆ ਗਿਆ ਤੇ ਵਿਧਾਇਕ ਵੀ ਲੋਕਾਂ ਦੇ ਵੱਲੋਂ ਚੁਣਿਆ ਗਿਆ ਜਿਹੜੀ ਸਰਕਾਰ ਕਹਿੰਦੀ ਰਹੀ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਤਾਂ ਫਿਰ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਕਿਉਂ ਭੱਜੇ ਲਾਭ ਸਿੰਘ ਉਗੋਕੇ ਤਾਂ ਅਸੀਂ ਇੱਥੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਬਾਈ ਜੀ ਮੁਹੱਲਾ ਕਲੀਨਿਕ ਚਾਹੁੰਦੇ ਹੋ ਪਿੰਡ ਦੇ ਵਿੱਚ ਨਹੀਂ ਚਾਹੁੰਦੇ ਜੀ ਵਾਹਿ ਖਾਲਸਾ ਵਾਹਿ ਫਤਿਹ ਇਹ ਗੱਲ ਸਾਰੇ ਲੋਕ ਚਾਹੁੰਦੇ ਨੇ ਸਾਡੇ ਹਸਪਤਾਲ ਸੀਗੇ ਬਣਿਆ ਵੱਡਾ ਹਸਪਤਾਲ ਚੱਕ ਕੇ ਸਰਪੰਚ ਸਾਹਿਬ ਕਹਿੰਦੇ ਸੀ ਇੱਥੇ ਸਾਤੋਂ ਜਗ੍ਹਾ ਲੈ ਲਓ ਬਣੇ ਵੀ ਕਮਰੇ ਇੱਥੇ ਬਣਾ ਲਓ ਉਹ ਤਾਂ ਇੱਕ ਜਿੱਦਬਾਜ਼ੀ ਵਾਲੀ ਗੱਲ ਆ ਜੀ ਗਲਤ ਸਾਡਾ ਤਾਂ ਹਸਪਤਾਲ ਬਣਿਆ ਵਾ ਹਸਪਤਾਲ ਚੱਕਦੇ ਆ ਲਾਉਂ ਵੀ ਬਣਾਉਂਦੇ ਆ ਅਸੀਂ ਤਾਂ ਮੰਨਦੇ ਨਹੀਂ ਇਹ ਗੱਲ ਨੂੰ ਅਸੀਂ ਤਾਂ ਕਹਿੰਦੇ ਸਾਡੀ ਚਾਹੀਦੀ ਨਹੀਂ ਇਹ ਹਸਪਤਾਲ ਹੈਗਾ ਸਾਡੇ ਕੀ ਲੋੜ ਹੈ ਜਿਹੜੇ ਥੱਪੜੇ ਮਾਰਨ ਦੀ ਗੱਲ ਕਰੀ ਲਾਭ ਸਿੰਘ ਉਗੋਕੇ ਦੇ ਵੱਲੋਂ ਬਹੁਤ ਗਲਤ ਗੱਲ ਕਰੀ ਸਾਰੇ ਪਿੰਡ ਨੂੰ ਕਿਹਾ ਜੀ ਕਿ ਸਰਪੰਚ ਥੋੜ੍ਹਾ ਕਿਹਾ ਚੁਣਿਆ ਵਾ ਤਾਂ ਸਰਪੰਚ ਪਿੰਡ ਦਾ ਹੀ ਆ ਨਾ ਚੁਣੇ ਬੰਦੇ ਨੂੰ ਕਹਿਣਾ ਸਰਪੰਚ ਨੂੰ ਕਹਿਣਾ ਤਾਂ ਸਾਨੂੰ ਕਿਹਾ ਤਾਂ ਸਾਰੇ ਪਿੰਡ ਨੂੰ ਕਿਹਾ ਜੀ ਹਾਂ ਗਲਤ ਕਿਹਾ ਸਾਨੂੰ ਬਹੁਤ ਗਲਤ ਕਰਿਆ ਜੀ ਹਾਂਜੀ ਉਹ ਕੱਲਾ ਸਰਪੰਚ ਦੇ ਥੱਪੜ ਨਹੀਂ ਵੱਜਿਆ ਜੀ ਵੀਰ ਜੀ ਉਹ ਸਾਰੇ ਪਿੰਡ ਦੇ ਵੱਜ ਗਿਆ ਬਾਕੀ ਉਹ ਜਿੱਥੇ ਉਹਨਾਂ ਨੇ ਮੁਹੱਲਾ ਕਲੀਨਿਕ ਬਣਾਇਆ ਉਹ ਜਿਹੜੀ ਬਿਲਡਿੰਗ ਆ ਉਹ ਅੰਗਰੇਜ਼ਾਂ ਦੇ ਟਾਈਮ ਦੀ ਬਣੀ ਹੋਈ ਆ
ਉਹਦੇ ਤੇ 2 ਪੀਪੀਆਂ ਰੰਗ ਦੀਆਂ ਕਰਕੇ ਤੇ 2000 ਲੋਕੇਟ ਲਾ ਕੇ ਉਸੇ ਨੂੰ ਦੁਬਾਰੇ ਇਹਨਾਂ ਨੇ ਤਿਆਰ ਕੀਤਾ। ਜਦ ਕਿ ਸਰਪੰਚ ਸਾਹਿਬ ਨੇ ਇਹ ਗੱਲ ਆਖੀ ਸੀ ਵੀ ਤੁਸੀਂ ਬਣਾਉਣਾ ਜੀ ਸਦਕੇ ਬਣਾਓ, ਕੋਈ ਇਤਰਾਜ਼ ਨਹੀਂ ਸਾਨੂੰ, ਤੁਹਾਨੂੰ ਜਗ੍ਹਾ ਦੇ ਦਿੰਨੇ ਆ, ਜੇ ਤੁਸੀਂ ਤੁਹਾਡੇ ਕੋਲੇ ਬਣਾਉਣ ਨੂੰ ਪੈਸੇ ਨਹੀਂ ਹੈਗੇ ਅਸੀਂ ਤੁਹਾਨੂੰ ਬਣੀ ਬਣਾਈ ਬਿਲਡਿੰਗ ਦੇ ਦਿੰਨੇ ਆ। ਤੇ ਇਹਦੇ ਉੱਪਰ ਹੋਰ ਉਹਨਾਂ ਨੂੰ ਕੀ ਚਾਹੀਦਾ ਸੀ, ਜਦ ਕਿ ਸਰਪੰਚ ਸਾਹਿਬ ਨੇ ਇਹ ਕਹਿਤਾ ਸੀ 1 ਤੋਲਾ ਗੋਲਡ ਦੇ ਨਾਲ ਸਨਮਾਨਿਤ ਕਰਾਂਗੇ ਅਸੀਂ ਐਮਐਲਏ ਸਾਹਿਬ ਨੂੰ। ਹੋਰ ਇਹਦੇ ਉੱਪਰ ਦੀ ਉਹਨਾਂ ਨੂੰ ਕੀ ਚਾਹੀਦਾ ਸੀ? ਉਹ ਤਾਂ ਇੱਕ ਗੁੰਡਾਗਰਦੀ ਵਾਲਾ ਕੰਮ ਹੈ ਜੀ ਜਿਹੜਾ ਉਹ ਕਰਕੇ ਗਏ ਨੇ ਪਹਿਲੀਆਂ ਸਰਕਾਰਾਂ ਵਾਂਗੂ ਜਮਾ ਜੀ। ਇਹ ਤਾਂ ਪਹਿਲੀਆਂ ਦਾ ਵੀ ਰਿਕਾਰਡ ਤੋੜਤਾ, ਪਹਿਲੀਆਂ ਦੇ ਵੀ ਰਿਕਾਰਡ ਤੋੜਤਾ। ਆ ਪੱਖੋ ਇਹਦੇ ਇਹ ਕਹਿੰਦਾ ਜੀ ਇੱਥੇ ਫ੍ਰੀ ਟੈਸਟ ਹੋਇਆ ਕਰਨਗੇ। ਇਹਦੇ ਪਿੰਡ ਮਹੱਲਾ ਕਲੀਨਿਕ ਬਣਿਆ, ਜਾ ਕੇ ਪਹਿਲਾਂ ਉੱਥੇ ਦੇਖੋ ਵੀ ਉਹ ਕਿੰਨੇ ਕੁ ਟੈਸਟ ਹੁੰਦੇ ਆ। ਉੱਥੇ ਜਿੰਦਾ ਲੱਗਿਆ ਪਿਆ। ਪੱਖੋ ਪਿੰਡ ਆ ਜੀ, ਉੱਥੇ ਜਿੰਦਾ ਲੱਗ ਗਿਆ। ਤੇ ਇੱਥੋਂ ਜਦੋਂ ਇਹਨੇ ਮਹੱਲਾ ਕਲੀਨਿਕ ਬਣਾਇਆ ਉੱਥੇ ਸਾਡੇ ਪਿੰਡੋਂ ਡਾਕਟਰ ਚਲਾ ਗਿਆ। ਜਿਹੜਾ ਮਾੜਾ ਮੋਟਾ ਇੱਥੇ ਗਰੀਬ ਜਨਤਾ ਨੂੰ ਸਹੂਲਤ ਮਿਲਦੀ ਸੀ ਉਹ ਵੀ ਗਈ। ਜੇ ਹੁਣ ਇਹ ਲੋਕ ਦੁਨੀਆ ਉੱਪਰ ਨੂੰ ਜਾ ਰਹੀ ਹੈ, ਸਾਡੇ ਪਿੰਡ ਨੂੰ ਥੱਲੇ ਨੂੰ ਲੈ ਕੇ ਜਾ ਰਿਹਾ। ਇਹ 100 ਬਿਸਤਰੇ ਦਾ ਪਾਸ ਹੋਇਆ ਵਾ ਹਸਪੀਟਲ ਆ ਜੀ, ਤੇ ਬਣ ਰਿਹਾ ਮਹੱਲਾ ਕਲੀਨਿਕ। 18000 ਵੋਟ ਦਾ ਇਹ ਪਿੰਡ ਆ ਹੈ ਜੀ। 18000 ਵੋਟ ਪਿੰਡ ਮਹੱਲਾ ਕਲੀਨਿਕ, ਤਾਂ ਫਿਰ ਪਿੰਡ ਕਿਹੜਾ ਰਹਿ ਜਾਊਗਾ? ਤੁਸੀਂ ਜਦੋਂ ਇਹਨਾਂ ਨੂੰ ਜਿਤਾਇਆ ਇਹ ਕਹਿੰਦੇ ਸੀ ਕਿ ਅਸੀਂ ਇੱਥੇ ਬੈਠੇ ਰਿਹਾ ਕਰਾਂਗੇ, ਸੈਣੇ ਦੇ ਵਿੱਚੋਂ ਜਾਇਆ ਨਹੀਂ ਕਰਨਾ, ਲੋਕ ਆਖਣਗੇ ਵੀ ਇੱਥੋਂ ਤੁਰ ਜਾਓ। ਬਾਈ ਜੀ ਸਾਥੋਂ ਗਲਤੀ ਇੱਕ ਬਹੁਤ ਬੜੀ ਇਹ ਹੋ ਚੁੱਕੀ ਆ, ਜਿਹਦਾ ਅਸੀਂ ਅੱਜ ਖਮਿਆਜਾ ਭੁਗਤ ਰਹੇ ਹਾਂ ਕਿ ਅਸੀਂ ਵਿਰੋਧੀ ਧਿਰ ਹੀ ਨਹੀਂ ਰੱਖੀ। ਅਸੀਂ 92 ਦੀਆਂ 92 ਸੀਟਾਂ ਇਹਨਾਂ ਨੂੰ ਦੇ ਬੈਠੇ, ਜਦ ਕਿ ਵਿਰੋਧੀ ਧਿਰ ਹੁੰਦੀ ਤਾਂ ਅੱਜ ਇਹ ਇਹਨਾਂ ਗੱਲਾਂ ਤੇ ਨਾ ਉਤਰਦੇ, ਕਿਉਂਕਿ ਹੁਣ ਕੋਈ ਬੋਲਣ ਵਾਲਾ ਹੈ ਹੀ ਨਹੀਂ। ਇਹ ਮਨਾਹੀਆਂ ਕਰ ਰਹੇ ਆ, ਜਿੱਦਾਂ ਇਹਨਾਂ ਦੇ ਦਿਲ ਕਰਦਾ ਉਦਾਂ ਹੀ ਇਹ ਕਰਦੇ ਆ। ਬਿਲਕੁਲ ਬਈ, ਕੀ ਲੱਗਦਾ ਇਹੀ ਸੀ ਦਿੱਲੀ ਮਾਡਲ ਜਿਹੜਾ ਪਿੰਡ ਦੇ ਸਰਪੰਚ ਨੂੰ ਕਿਹਾ ਗਿਆ ਕਿ ਅਸੀਂ ਥੱਪੜ ਮਾਰ ਦਿਆਂਗੇ? ਇਹ ਬਹੁਤ ਗਲਤ ਮੰਦਭਾਗੀ ਇਹਨਾਂ ਦੀ ਉਹ ਆ ਜਿਹੜੀ ਬੋਲਿਆ, ਬਹੁਤ ਗਲਤ ਬੋਲਿਆ। ਇਹ ਸਾਰੇ ਪਿੰਡ ਦੇ ਮੂੰਹ ਤੇ ਚਪੇੜ ਮਾਰਨ ਵਾਲਾ ਕੰਮ ਕੀਤਾ ਇਹਨਾਂ ਨੇ, ਤੇ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਕੀਤਾ ਸੀਗਾ, ਵੋਟਾਂ ਪਾਈਆਂ ਸੀਗੀਆਂ। ਤੇ ਜਿਹੜਾ ਦਿੱਲੀ ਮਾਡਲ ਤਾਂ ਬਹੁਤ ਦੂਰ ਦੀ ਗੱਲ ਆ। ਇਹਨੂੰ ਨੇ ਪੰਜਾਬ ਦਾ ਮਾਡਲ ਵੀ ਨਹੀਂ ਰਹਿਣ ਦਿੱਤਾ। ਇਹ ਜਿਹੜਾ ਪਹਿਲਾਂ ਸਰਕਾਰਾਂ ਨੇ ਜਿਵੇਂ ਬਣਿਆ ਆ ਰਿਹਾ ਸੀਗਾ, ਬਹੁਤ ਸਾਲਾਂ ਤੋਂ ਸਾਡੇ ਸਰਕਾਰੀ ਹਸਪਤਾਲ ਬਣਿਆ ਹੋਇਆ ਸੀਗਾ, ਉਹਨੂੰ ਮਹੱਲਾ ਕਲੀਨਿਕ ਦੇ ਵਿੱਚ ਬਦਲ ਦਿੱਤਾ ਗਿਆ। ਇਹ ਹਾਂਜੀ ਅਸੀਂ ਤਾਂ ਇਹਨੂੰ ਚਾਹੁੰਦੇ ਨਹੀਂ ਵੀ ਸਾਡੇ ਬਣੇ, ਸਾਨੂੰ ਲੋੜ ਨਹੀਂ, ਸਾਡੇ ਹਸਪਤਾਲ ਹੈਗਾ। ਬਿਲਕੁਲ, ਤਾਂ ਪਿੰਡ ਦੇ ਲੋਕ ਹੀ ਨਹੀਂ ਚਾਹੁੰਦੇ ਕਿ ਸਾਡੇ ਮੁਹੱਲਾ ਕਲੀਨਿਕ ਬਣੇ, ਤਾਂ ਫਿਰ ਕੀ ਇਹ ਥੋਪਿਆ ਜਾ ਰਿਹਾ ਮੁਹੱਲਾ ਕਲੀਨਿਕ ਇਹਨਾਂ ਪਿੰਡ ਵਾਸੀਆਂ ਦੇ ਉੱਪਰ? ਤਾਂ ਇਹ ਵੀ ਇੱਕ ਗੱਲਬਾਤ ਕਰਾਂਗੇ। ਜਿਹੜੇ ਮੁਹੱਲਾ ਕਲੀਨਿਕਾਂ ਦਾ ਰੌਲਾ ਪਾਇਆ ਜਾ ਰਿਹਾ, ਅਸੀਂ ਇਕੱਲੇ ਪਿੰਡ ਦੇ ਵਿੱਚ ਜਾਵਾਂਗੇ। ਜਿਹੜੇ ਪਿੰਡਾਂ ਦੇ ਵਿੱਚ ਪਹਿਲਾਂ ਡਿਸਪੈਂਸਰੀਆਂ ਬਣੀਆਂ ਹੋਈਆਂ ਜਾਂ ਜਿਹੜੇ ਪਿੰਡਾਂ ਦੇ ਵਿੱਚ ਪਹਿਲਾਂ ਸੇਵਾ ਕੇਂਦਰ ਬਣੇ ਹੋਏ ਨੇ, ਉਹਨਾਂ ਸੇਵਾ ਕੇਂਦਰਾਂ ਦੇ ਉੱਪਰ ਕਈ ਥਾਵਾਂ ਤੇ ਰੰਗ ਮਾਰਦੇ ਹੋਏ ਅਸੀਂ ਤੁਹਾਨੂੰ ਪਹਿਲਾਂ ਵੀ ਤਸਵੀਰਾਂ ਦਿਖਾ ਦਿੱਤੀਆਂ ਨੇ। ਡਿਸਪੈਂਸਰੀਆਂ ਦੇ ਉੱਪਰ ਵੱਡੇ ਵੱਡੇ ਪੋਸਟਰ ਲਗਾਉਂਦੇ ਅਸੀਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਹਾਂ। ਤਾਂ ਇੱਥੇ ਲੋਕ ਨੇ ਜਿਹੜੇ ਉਹ ਸਾਡੇ ਨਾਲ ਜੁੜੇ ਹੋਏ ਨੇ। ਆਹੀ ਪਿੰਡ ਆ ਬਈ? ਹਾਂ ਜੀ, ਸਣੀ ਕੱਲ ਸਰਪੰਚ ਦੇ ਨਾਲ ਜਿਹੜੀ ਕਿ ਵਧੀਕੀ ਹੋਈ ਆ, ਆਪਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੈਗਾ। ਐਡਾ ਰੌਲਾ ਪੈ ਗਿਆ, ਪੂਰਾ ਪੰਜਾਬ ਚੱਲ ਗਿਆ ਵਾ ਜੀ, ਲਾਮ ਗਿਆ ਜੀ ਕੱਲ ਮੈਂ ਜੀ। ਅੱਜ ਫਿਰ ਕਿਹਦੇ ਹੱਕ ਚ ਆਏ ਹੋ ਇੱਥੇ? ਤੁਹਾਨੂੰ ਪਤਾ ਬਾਈ ਵਾਂਗੂ ਕਿਤੇ ਇਹ ਨਾ ਹੋਵੇ ਵੀ ਪਤਾ ਹੀ ਨਹੀਂ ਹੈਗਾ? ਪਤਾ ਹੈਗਾ। ਹਸਪੀਟਲ ਸਾਡੇ 2 ਆ, ਇੱਕ ਹੈਗਾ ਗਾ ਉਧਰ ਆਪਣਾ ਨਹਿਰ ਵਾਲੇ ਉਹ ਪੁਲ ਤੇ ਇੱਧਰ ਅੱਡੇ ਦੇ ਉੱਤੇ ਆ, ਇੱਕ ਇੱਧਰ ਹੈਗਾ। ਤੇ ਜਾਣੇ ਦੀ ਮੁਹੱਲਾ ਕਲੀਨਿਕ ਸਰਪੰਚ ਸਾਹਿਬ ਕਹਿੰਦੇ ਵੀ ਇੱਥੇ ਬਣਾ ਲਓ, ਵੀ ਉੱਥੇ ਸਾਨੂੰ ਵੱਡਾ ਡਾਕਟਰ ਦੇ ਦਿਓ, ਵੀ ਜਾਣੇ ਦੀ 28 ਬਿਸਤਰਿਆਂ ਦਾ ਹਸਪੀਟਲ ਬਣਾਓ। ਮੁਹੱਲਾ ਕਲੀਨਿਕ ਬਣਾਉਣੇ ਇੱਥੇ ਬਣਾਓ, ਨਹੀਂ ਪਿੰਡਾਂ ਦੇ ਵਿੱਚ ਬਣਾਓ। ਜਿਵੇਂ ਇਹਦਾ ਪਿੰਡ ਆ ਛੋਟਾ ਜਿਹਾ, ਛੋਟੇ ਪਿੰਡ ਆ, 20,000 ਦੇ ਲਗਭਗ ਵੋਟ ਆ ਇੱਥੇ, ਤੇ ਵੀ ਸਾਨੂੰ ਵੱਡਾ ਡਾਕਟਰ ਚਾਹੀਏ। ਇਹਨਾਂ ਨੇ ਮੁਹੱਲਾ ਕਲੀਨਿਕ ਬਣਾਉਣੀ ਸੀ ਤਾਂ ਇੱਥੇ ਬਣਾ ਲੈਂਦੇ। ਸਰਪੰਚ ਨੂੰ ਬਹੁਤ ਗਲਤ ਬੋਲਿਆ ਇਹ ਬਹੁਤ ਮਾੜੀ ਗੱਲ ਆ ਉਹਦੀ। ਬਿਲਕੁਲ, ਤਾਂ ਇਹ ਵੀ ਇੱਥੇ ਦੱਸਿਆ ਜਾ ਰਿਹਾ ਕਿ ਕੱਲ ਪਿੰਡ ਦੇ ਬੰਦਿਆਂ ਨੂੰ ਫੋਰਸ ਲਗਾਈ ਗਈ ਹੈਗੀ, ਇੱਥੇ ਕਮਾਂਡੋ ਮੰਗਾਈ ਗਿਆ। ਅਜਿਹਾ ਕੁਝ ਹੋਇਆ ਇੱਥੇ? ਬਾਈ ਜੀ, ਇਹ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਇੱਕ ਐਮਐਲਏ ਆਵੇ ਉਦਘਾਟਨ ਕਰਨ ਵਾਸਤੇ, ਔਰ ਬਾਹਰ ਧਰਨਾ ਲੱਗਿਆ ਹੋਇਆ, ਔਰ ਉਹਨਾਂ ਬੰਦਿਆਂ ਨੇ ਜਦੋਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਰੋਕਿਆ ਗਿਆ, ਗੇਟ ਲਾ ਦਿੱਤਾ ਗਿਆ। ਤੇ ਫਿਰ ਉਹਦਾ ਉਦਘਾਟਨ ਕਰਨ ਦਾ ਕਿਹਨੂੰ ਦਿਖਾਉਣ ਆਇਆ ਸੀ ਉਦਘਾਟਨ ਕਰਕੇ? ਉਹ ਇਕੱਲਾ ਹੀ ਕਰਕੇ ਗਿਆ, ਔਰ ਆਪਦੇ ਪ੍ਰਸ਼ਾਸਨ ਦੇ ਜ਼ੋਰ ਨਾਲ ਕਰਕੇ ਗਿਆ। ਜੇ ਆਪਾਂ ਕਹਿ ਦਈਏ ਵੀ ਉਹ ਜਨਤਾ ਦੇ ਵਿੱਚ ਆ ਕੇ ਉਦਘਾਟਨ ਕਰਕੇ ਗਿਆ, ਉਹ ਇਹਨੂੰ ਉਦਘਾਟਨ ਨਹੀਂ ਅਸੀਂ ਮੰਨਦੇ। ਜਿਹੜਾ ਪ੍ਰਸ਼ਾਸਨ ਦੀ ਤੁਸੀਂ ਗੱਲ ਕਰੀ ਆ, ਸੈਣੇ ਦੇ ਪੁਲਿਸ ਵਾਲੇ ਸੀਗੇ ਨਾਲ? ਸੈਣੇ ਦੇ ਵੀ ਸੀਗੇ, ਬਾਹਰ ਦੀ ਵੀ ਆਈ, ਬਰਨਾਲੇ ਤੋਂ ਵੀ ਸੀਗੇ ਜੀ ਪੁਲਿਸ ਵਾਲੇ, ਤਾਂ ਮੁਲਾਜ਼ਮ ਆਏ ਹੋਏ ਸੀਗੇ, ਤਹਿਸੀਲਦਾਰ ਸੀ, ਐਸਡੀਐਮ ਸੀ, ਆਪਣਾ ਸਿਵਲ ਸਰਜਨ ਸੀਗਾ ਜੀ। ਬਿਲਕੁਲ, ਤਾਂ ਅਸੀਂ ਇੱਥੇ ਸਿਕਿਉਰਿਟੀ ਵੀ ਆਈ ਹੋਈ ਆ, ਪੁਲਿਸ ਪ੍ਰਸ਼ਾਸਨ ਵੀ ਆਇਆ ਹੋਇਆ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸੈਣੇ ਦਾ ਜਿਹੜਾ ਐਸਐਚਓ ਆ ਉਹ ਵੀ ਇੱਥੇ ਆਇਆ ਹੋਇਆ ਮੌਜੂਦ ਆ, ਅਸੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਾਂਗੇ, ਗੱਲਬਾਤ ਕਰਾਂਗੇ। ਇਸੇ ਤਹਿਤ ਹੀ ਅਸੀਂ ਅੱਜ ਜਿਹੜੀ ਪੂਰੀ ਜਿਹੜੀ ਤਸਵੀਰ ਆ ਇਹ ਪਿੰਡ ਦੇ ਲੋਕਾਂ ਦੀ ਦਿਖਾ ਰਹੇ ਹਾਂ। ਕੁਲਦੀਪ ਇੱਧਰਲੇ ਪਾਸੇ ਨੂੰ ਕੈਮਰਾ ਦਿਖਾ ਦੇ ਉਰੇ ਖੜ ਕੇ, ਕਿਉਂਕਿ ਸਾਰੇ ਲੋਕ ਖੜੇ ਨੇ। ਇਹ ਸਾਰੇ ਲੋਕ ਪਿੰਡ ਸੈਣੇ ਦੇ ਨੇ,
ਜਿਹੜੇ ਪਿੰਡ ਦੇ ਵਿੱਚੋਂ ਜਿਤਾਇਆ ਗਿਆ ਹੋਵੇ, ਜਿਹੜੇ ਪਿੰਡ ਦੇ ਵਿੱਚੋਂ 4200 ਤੋਂ ਵੱਧ ਵੋਟ ਲਾਭ ਸਿੰਘ ਉਗੂਕੇ ਨੂੰ ਪਈ ਹੋਵੇ, ਤਾਂ ਉਸੇ ਪਿੰਡ ਦੇ ਸਰਪੰਚ ਨੂੰ ਅਜਿਹੀ ਗੱਲ ਕਹੀ ਗਈ ਕਿ ਅਸੀਂ ਤੇਰੇ ਥੱਪੜ ਮਾਰਾਂਗੇ, ਅਸੀਂ ਤੈਨੂੰ ਅੰਦਰ ਸੁੱਟ ਲਾਂਗੇ, ਅਜਿਹੀਆਂ ਗੱਲਾਂ ਕਹੀਆਂ ਗਈਆਂ। ਬਾਬਾ ਕੱਲ ਬਹੁਤ ਵਧੀਕੀ ਹੋਈ ਆ ਪਿੰਡ ਨਾਲ, ਪਤਾ ਨਹੀਂ ਤੁਹਾਨੂੰ? ਖੇਤ ਕਿਹੜਾ ਇੰਗਲੈਂਡ 'ਚ ਹੋਣਾ, ਇੱਥੇ ਹੀ ਖੇਤ ਆ ਪਿੰਡ ਦੇ ਵਿੱਚ, ਪਤਾ ਤਾਂ ਹੋਊ ਮਾੜਾ ਮੋਟਾ ਵੀ ਕੀ ਗੱਲਬਾਤ ਹੋਈ ਆ, ਪਤਾ ਨਹੀਂ ਬਈ ਤੁਹਾਨੂੰ ਪਤਾ ਕੁਛ? ਹਾਂਜੀ, ਬਹੁਤ ਮੰਦਭਾਗੀ ਗੱਲ ਹੈ ਜੀ ਇਹ, ਜਿਹੜੀ ਸਰਪੰਚ ਨੂੰ ਥੱਪੜ ਮਾਰਨ ਵਾਲੀ ਗੱਲ ਕਹੀ ਗਈ ਉਹਨਾਂ ਦੇ ਵਾਸਤੇ, ਤੇ ਗਲਤ ਆ ਜੀ ਪਿੰਡ ਲਾਭ ਸਿੰਘ ਉਗੂਕੇ ਵਾਸਤੇ ਜੀ। ਤੇ ਉਹ ਹਸਪੀਟਲ ਤਾਂ ਮਸਾ ਹਸਪੀਟਲ ਮਿਲਿਆ ਹੋਇਆ ਜੀ, ਉਸ ਨੂੰ ਕਿੱਥੇ ਅਪਗ੍ਰੇਡ ਕਰਕੇ ਵੱਡਾ ਕਰਨਾ ਚਾਹੀਦਾ ਸੀਗਾ ਜੀ, ਉਹਨੂੰ ਨੀਚੇ ਲੈ ਕੇ ਆ ਰਿਹਾ, ਥੱਲੇ ਆ ਗਿਆ। ਉੱਥੇ ਇਹ ਵੀ ਕਿਹਾ ਗਿਆ ਕਿ ਵੀ ਉਹਨਾਂ ਨੂੰ ਜਗ੍ਹਾ ਪਾਸੇ ਤੇ ਜਗ੍ਹਾ ਦੇ ਦਿੰਦੇ ਹੈਗੇ, ਵੀ ਕਿਤੇ ਵੀ ਬਣਾ ਲਓ ਪਾਸੇ ਤੇ ਜਗ੍ਹਾ, ਜੇ ਨਹੀਂ ਤੁਹਾਡੇ ਕੋਲ ਇਹ ਜਗ੍ਹਾ ਪਈ ਹੋਈ ਬਿਲਡਿੰਗ ਵੀ ਦੇ ਦਿੰਦੇ ਹੈਗੇ। ਇਸ ਕਰਕੇ ਉਹਨੂੰ ਤੇ ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਪਹਿਲਾਂ ਕਿਹਾ ਜੀ ਵੀ 17 ਬਿਸਤਰੇ ਦਾ ਹਸਪਤਾਲ ਦੇਵਾਂਗੇ, ਤੇ ਇਸ ਗੱਲ ਤੇ ਉਹ ਗਰਮ ਹੋ ਗਿਆ ਵੀ ਉਦੋਂ ਥੱਪੜ ਮਾਰ ਕੇ ਉਹਨੂੰ ਅੰਦਰ ਛੱਡ ਦਿਆਂਗੇ, ਤੇ ਬਹੁਤ ਗਲਤ ਗੱਲ ਹੈ ਜੀ। ਬਿਲਕੁਲ, ਤਾਂ ਹਰ ਕੋਈ ਇਹੀ ਕਹਿ ਰਿਹਾ ਕਿ ਬਹੁਤ ਗਲਤ ਗੱਲ ਹੈ। ਇੱਥੇ ਅਸੀਂ ਨੌਜਵਾਨਾਂ ਦੇ ਨਾਲ ਵੀ ਗੱਲ ਕਰਾਂਗੇ, ਇੱਥੇ ਬਜ਼ੁਰਗਾਂ ਦੇ ਨਾਲ ਜਿੱਥੇ ਅਸੀਂ ਗੱਲ ਕਰ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ ਪੰਚਾਇਤ ਘਰ ਦੀ, ਜਿਹੜੇ ਪੰਚਾਇਤ ਘਰ ਦੇ ਉੱਪਰ ਜਦੋਂ ਅਸੀਂ ਸੁਖਵਿੰਦਰ ਸਿੰਘ ਕਲਕੱਤੇ ਦੇ ਨਾਲ ਗੱਲ ਕਰੀ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਪਿੰਡ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਇਸ ਪੰਚਾਇਤ ਘਰ ਦੇ ਉੱਪਰ ਲਗਾਏ ਨੇ। ਸਰਕਾਰ ਦੇ ਵੱਲੋਂ ਜੋ ਫੰਡ ਆਇਆ ਸੀ, ਪਹਿਲੀਆਂ ਸਰਕਾਰਾਂ ਦੇ ਵੱਲੋਂ ਉਹ ਫੰਡ ਵੱਖਰਾ ਸੀ, ਪਰ ਅਸੀਂ ਪਿੰਡ ਦੇ ਵਿੱਚੋਂ ਵੀ ਪੈਸੇ ਇਕੱਠੇ ਕਰਕੇ ਇਸ ਨੂੰ ਇੱਕ ਪੰਚਾਇਤ ਘਰ ਦਾ ਰੂਪ ਦਿੱਤਾ। ਬਾਈ ਨੌਜਵਾਨ ਨੂੰ ਕੱਲ ਜਿਹੜੀ ਘਟਨਾ ਵਾਪਰੀ ਤੁਹਾਡੇ ਪਿੰਡ ਦੇ ਵਿੱਚ, ਉਸ ਬਾਰੇ ਜਾਣੂ? ਹਾਂਜੀ, ਜਾਣੂ। ਕੀ ਲੱਗਦਾਗਾ ਪਿੰਡ ਦੇ ਲੋਕਾਂ ਨੇ ਇੰਨਾ ਮਾਣ ਸਨਮਾਨ ਦਿੱਤਾ ਤੇ ਉਹਨਾਂ ਨੇ ਤੁਹਾਨੂੰ ਮਾਣ ਸਨਮਾਨ ਦਾ ਜਵਾਬ ਦਿੱਤਾ ਐਮਐਲਏ ਨੇ? ਨਹੀਂ ਜੀ, ਅਸੀਂ ਮਤਾ ਹੀ ਪਤਾ ਸੀ ਕਾਰਵਾਈ 'ਚ ਵੀ ਅਸੀਂ ਜਗ੍ਹਾ ਦੇਣ ਨੂੰ ਇੱਥੇ ਵੀ ਤਿਆਰ ਸੀਗੇ ਜੀ, ਤੇ ਉਹਨਾਂ ਨੇ ਕੱਲ ਜੋ ਕੀਤਾ ਜੀ ਮਾੜਾ ਕੀਤਾ ਜੀ। ਉਹ ਸਰਪੰਚ ਸਾਹਿਬ ਅੰਦਰ ਬੈਠੇ ਨੇ, ਸਰਪੰਚ ਸਾਹਿਬ ਦੇ ਨਾਲ ਸਾਡੀ ਗੱਲਬਾਤ ਹੋਈ ਸੀ, ਸਰਪੰਚ ਸਾਹਿਬ ਨੂੰ ਕਾਫੀ ਜਿਹੜਾ ਕਿ ਭਾਵੁਕ ਵੀ ਹੋਏ ਨੇ ਰਾਤ ਸਾਡੇ ਕੋਲ ਬੈਠੇ। ਮੈਂ ਜੀ ਪੰਚਾਇਤ ਮੈਂਬਰ ਆ, ਮੈਂ ਪੰਚਾਇਤ 'ਚ ਹੀ ਹਾਂ ਜੀ, ਜ਼ਿਆਦਾ ਬੋਲ ਲਿਆ ਨਹੀਂ ਜੀ, ਬਾਕੀ ਇੱਧਰ ਵਿਊ ਲੈ ਲਓ ਜੀ ਇਹਨਾਂ ਦੇ। ਬਿਲਕੁਲ, ਤਾਂ ਇਹ ਜਿਹੜੀ ਅਸੀਂ ਮੁਲਾਕਾਤ ਇੱਥੇ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਇੱਥੇ ਹਰ ਇੱਕ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਬਾਬਾ ਕੱਲ ਜਿਹੜਾ ਕੁਝ ਵਾਪਰਿਆ ਇੱਥੇ, ਕੱਲ ਤੁਸੀਂ ਮੌਜੂਦ ਸੀ, ਇੱਥੇ ਹੈਗੇ ਸੀਗੇ? ਅਸੀਂ ਲੇਟ ਗਏ ਆ ਜੀ ਬਾਵਾ। ਹਾਂ, ਉਹ ਤਾਂ ਜਾਂਦਿਆਂ ਨੂੰ ਕੰਮ ਚੱਲੀ ਜਾਂਦਾ ਸੀਗਾ, ਉਹ ਕਹਿੰਦੇ ਵੀ ਅਸੀਂ ਉਹ ਛੋਟਾ ਕਰਨਾ ਹੈ, ਅਸੀਂ ਕਹਿੰਦੇ ਸੀ ਵੀ ਇਹਦਾ ਕੰਮ ਤੁਹਾਡਾ ਠੀਕ ਨਹੀਂ ਆ, ਤੁਸੀਂ ਇਹਨੂੰ ਇਹ ਤੋਂ ਵੱਡਾ ਬਣਾਓ। ਭਗਵੰਤ ਮਾਨ ਇੱਥੇ ਵਾਅਦਾ ਵੀ ਕਰਕੇ ਗਿਆ ਸੀ, ਕਹਿੰਦਾ ਮੈਂ 25 ਬਿਸਤਰਿਆਂ ਦਾ ਹਸਪਤਾਲ ਬਣਾਊਂ, ਇਹ ਵੀ ਸਟੇਜ ਤੇ ਬੋਲ ਕੇ ਗਿਆ ਸੀ। ਜੋ ਕੱਲ ਸਰਪੰਚ ਨੇ ਕਿਹਾ, ਕਹਿੰਦਾ ਇਹ ਕੀ ਕਰ ਰਹੇ ਹੋ, ਉਹ ਸਰਪੰਚ ਨੂੰ ਪੁੱਠਾ ਬੋਲਿਆ, ਕਹਿੰਦਾ ਤੇਰੇ ਮਾਰ ਕੇ ਲਫੇੜੇ ਤੈਨੂੰ ਅੰਦਰ ਛੱਡਿਆ ਹੋਵੇ, ਤੈਨੂੰ ਫੇਰ ਪਤਾ ਲੱਗੇ। ਜਾਣੇ ਸਾਨੂੰ ਪਿੰਡ ਨੂੰ ਵਿਆਹ ਵਰਗਾ ਲੱਗਿਆ ਵੀ ਸਾਡੇ ਪਿੰਡ 'ਚ ਇਹੋ ਜਿਹਾ ਬੰਦਾ ਆਉਣਾ ਨਹੀਂ ਚਾਹੀਦਾ ਮੁੜ ਕੇ। ਬਾਈ ਇੰਨੀ ਗੱਲ ਹੀ ਸੁਣੀ ਆ ਜੀ। ਉਹ ਤਾਂ ਕਹਿੰਦੇ ਰਹਿੰਦੇ ਸੀਗੇ ਵੋਟਾਂ ਤੋਂ ਪਹਿਲਾਂ ਕਿ ਸਰਕਾਰ ਆ ਜਿਹੜੀ ਆ ਸੱਥਾਂ 'ਚੋਂ ਚੱਲਿਆ ਕਰੂਗੀ, ਆ ਲੋਕਾਂ ਨਾਲ ਅਸੀਂ ਗੱਲ ਆ ਕੇ ਕਰਿਆ ਕਰਾਂਗੇ, ਸਲਾਹ ਮਸ਼ਵਰੇ ਕਰਿਆ ਕਰਾਂਗੇ, ਤੁਹਾਡੇ ਨਾਲ ਕਰੀਏ ਗੱਲ ਸਲਾਹ? ਕੋਈ ਸਲਾਹ ਕਿਹਨੇ ਕਰਨੀ ਸੀਗੀ ਜੀ, ਸਾਡੇ ਤਾਂ ਹਸਮਾਂ ਪੈਰਾਂ ਨੂੰ ਪਾਉਂਦੇ ਆ, ਵੱਡਿਆਂ ਤੋਂ ਚੀਜ਼ਾਂ ਛੋਟੀਆਂ ਬਣਾਉਂਦੇ। ਅਸੀਂ 25 ਬਿਸਤਰਿਆਂ ਦਾ ਹਸਪਤਾਲ ਦੀ ਬਿੱਡ ਕਰਦੇ ਆ, ਉਹਨਾਂ ਨੇ ਉਹ ਵੀ ਚੱਕਣ ਦੀ ਕੋਸ਼ਿਸ਼ ਕਰਦੇ। ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਤੁਹਾਡੇ ਧੀਆਂ ਪੁੱਤਾਂ ਆਮ ਲੋਕਾਂ ਨਾਲ ਚੱਲਾਂਗੇ, 24 ਘੰਟੇ ਤੁਹਾਡੇ ਨਾਲ ਰਹਾਂਗੇ, ਨਾਲ ਸਾਡੇ ਕਿਹਨੇ ਰਹਿਣਾਗਾ? ਸਰਕਾਰ ਤਾਂ ਕੋਈ ਵੀ ਨਹੀਂ, ਇਹ ਤਾਂ ਮੌਕੇ ਤੇ ਛੱਡ ਕੱਢੀ ਸਾਧ ਵੇਚ ਤੇਰੇ ਮਗਰ ਤੂੰ ਕੌਣ ਮੈਂ ਕੌਣ। ਵੋਟਾਂ ਦਾ ਮਸਲਾ ਸੀਗਾ, ਉਹ ਐਂ ਕਹਿ ਕੇ ਲੈ ਲਈਆਂ। ਕੋਈ ਉਹਨਾਂ ਨੂੰ ਕੋਈ ਚੰਗਾ ਆਇਆ ਨਹੀਂ ਪ੍ਰੋਜੈਕਟ ਕਿਸੇ ਹਿਸਾਬ ਦਾ ਵੀ ਆਹ ਚੰਗਾ ਆਇਆ ਹੋਵੇ। ਉਹ ਕਹਿੰਦੇ ਸੀਗੇ ਅਸੀਂ 5 ਸਾਲਾਂ ਬਾਅਦ ਵੋਟ ਨਹੀਂ ਮੰਗਣਾ ਆਵਾਂਗੇ ਜੇਕਰ ਸਾਡਾ ਕੋਈ ਗਲਤ ਕੰਮ ਹੋਇਆ। ਹੁਣ ਆਉਣਗੇ ਵੋਟਾਂ ਮੰਗਣ, ਫਿਰ ਕੀ ਉਹਨਾਂ ਨੂੰ ਪੁੱਛੋਗੇ ਕੋਈ ਗੱਲ? ਤਾਂ ਪਿੰਡ 'ਚ ਵੀ ਨਹੀਂ ਵੜਨ ਦਿੰਦੇ ਜੀ, ਉਹੋ ਜਿਹੇ ਬੰਦੇ ਨੂੰ ਵੀ ਸਾਡੇ ਪਿੰਡ 'ਚ ਖੁਸ਼ੀ ਆਵੇ, ਸਾਰਾ ਪਿੰਡ ਹੀ ਬਾਈਕਾਟ ਕਰੂਗਾ, ਵਾਢਿਆਂ ਲਾ ਉਹਨਾਂ ਦਾ। ਸਾਡਾ ਸਰਪੰਚ ਚੁਣਿਆ ਵਾ, ਸਾਰੇ ਪਿੰਡ ਦਾ ਚੁਣਿਆ ਵਾ, ਇਹ ਥੋੜ੍ਹਾ ਵੀ ਉਹਨੂੰ ਜਦੋਂ ਉਹਦੀ ਹੱਦ ਕਰ ਗਿਆ ਬਾਕੀ ਕੀ ਰਹਿ ਗਿਆ ਪਿੱਛੇ ਸਾਡੇ ਕੋਲੇ। ਅਸੀਂ ਨਹੀਂ ਇਹ ਚੀਜ਼ ਨੂੰ ਚੰਗਾ ਚਾਹੁੰਦੇ, ਅਸੀਂ ਗਾਹਾਂ ਨੂੰ ਇਹੋ ਜਿਹੇ ਬੰਦੇ ਨੂੰ ਮੱਥੇ ਵੀ ਨਹੀਂ ਲਾ ਕੇ ਰਾਜੀ। ਵੋਟ ਤਾਂ ਪਾਉਣੀ ਕੀ ਆ, ਪਿੰਡ ਹੀ ਨਹੀਂ ਪਾਉਂਦਾ ਸਾਡਾ ਸਾਰਾ। ਜੀ ਬਿਲਕੁਲ। ਬਾਬਾ ਜੀ ਤੁਸੀਂ ਪਤਾ ਹੋਊ ਤੁਹਾਨੂੰ ਘਟਨਾ ਬਾਰੇ? ਊਂ ਤਾਂ ਪਤਾ ਹੀ ਲੱਗ ਗਿਆ ਹੋਣਾ ਘਟਨਾ ਬਾਰੇ। ਫਿਰ ਕੀ ਜਿਵੇਂ ਬਾਬੇ ਨੇ ਕਿਹਾ ਸੀ ਤਾਂ ਪਿੰਡ ਦੇ ਵਿੱਚ ਨਹੀਂ ਵੜਨ ਦਿੰਦੇ ਤੁਸੀਂ, ਫਿਰ ਇਹ ਸਾਰਾ ਪਾਸੇ ਇੱਕੋ ਹੀ ਕਾਨੂੰਨ ਹੁਣ ਲਾਗੂ ਹੁੰਦਾ ਜੀ। ਹਾਂਜੀ, ਕੋਈ ਵੀ ਨਹੀਂ ਬੰਦਾ ਚਾਹੁੰਦਾ ਹੁੰਦਾ ਮਾੜੇ ਬੰਦੇ ਨੂੰ, ਕੋਈ ਵੀ ਨਹੀਂ ਚਾਹੁੰਦਾ ਹੁੰਦਾ। ਹਮੇਸ਼ਾ ਚੰਗੇ ਬੰਦੇ ਦੀ ਜਿੱਤ ਹੁੰਦੀ ਹੈਗੀ, ਉਸ ਨੂੰ ਚਾਹੁੰਦਾ ਅਗਲਾ। ਬਿਲਕੁਲ। ਹਾਂਜੀ, ਅਫਸੋਸ ਹੁੰਦਾ ਕਿ ਇੱਥੇ ਸਤਨਾਮ ਰਾਹੀ ਖੜੇ ਹੋਏ ਸੀ, ਚਰਨਜੀਤ ਚੰਨੀ ਖੜੇ ਹੋਏ ਸੀ, ਵੀ ਉਹਨਾਂ ਨੂੰ ਵੋਟ ਪਾ ਦਿੰਦੇ ਤੂੰ ਤਾਂ। ਇਹ ਤਾਂ ਮਗਰ ਤਾਂ ਪਛਤਾਉਂਦਾ ਹੀ ਹੈ ਜੀ ਅਗਲਾ, ਪਹਿਲਾਂ ਉਦੋਂ ਦੇਖਦਾ ਵੀ ਬਲਦਾ ਲਿਆਉਣਾ ਵੀ ਗਾਉਂ ਨਹੀਂ ਕਿੰਨੇ ਕੁ ਚੰਗੇ ਹੋਣਗੇ, ਪਰ ਐਂ ਨਹੀਂ ਪਤਾ ਸੀ ਵੀ ਉਦੋਂ ਵੀ ਛੰਦ ਨਿਕਲਿਆ। ਇਹ ਤਾਂ ਹੁਣ ਦਿੰਦਾ ਹੀ ਆ ਸਾਨੂੰ ਵੀ ਉਦੋਂ ਵੀ ਚੰਦ ਟੱਕਰੇ ਆ, ਉਹਨਾਂ ਨੂੰ ਕੋਈ ਜਾਣੇ ਚੰਗਾ ਨਹੀਂ ਕੰਮ ਹੋਇਆ ਇਹਨਾਂ ਤੋਂ ਅਜੇ ਤੱਕ। ਗਾਹਾਂ ਦੇਖੋ ਕੀ ਕਰਦੇ ਆ ਕੀ ਨਹੀਂ ਕਰਦੇ।
ਆ ਗਿਆ ਬਦਲਾਅ ਫਿਰ? ਕੱਲ ਕਹਿੰਦੇ ਤੁਹਾਡੇ ਪਿੰਡ ਦੇ ਵਿੱਚ ਕਾਫੀ ਬਦਲਾਅ ਆ ਗਿਆ। ਤਾਂ ਪੂਰੇ ਦਰਜੇ ਦਾ ਹੀ ਆ ਗਿਆ ਜੀ, ਇਹ 'ਚ ਕੋਈ ਸ਼ੱਕ ਨਹੀਂ ਰਹੀ। ਉਹਨੂੰ ਪੁਲਿਸ ਲੈ ਕੇ ਨਿਕਲ ਗਈ, ਨਾਲ ਦੀ ਨਾਲ ਗੱਡੀਆਂ ਹੋਰ ਮੰਗਾ ਲਈਆਂ। ਨਹੀਂ ਤਾਂ ਉਹਨੂੰ ਸੋਧ ਦੇਵੇਂ ਕਹਿੰਦੀ ਅਸੀਂ ਸਮਾਨ ਪਾਉਂਦੇ ਜਿੰਨੇ ਜੋਗਰੇ ਸੀਗੇ, ਅਸੀਂ ਬਖਸ਼ਦੇ ਨਹੀਂ ਸੀਗੇ। ਇੱਕ ਬੰਦਾ ਕੱਲ ਤਾਂ ਸਾਨੂੰ ਹੱਥ ਬੰਨ੍ਹ ਕੇ ਵੋਟਾਂ ਮੰਗਦਾ ਮੇਰੀ ਮਦਦ ਕਰੋ, ਅਗਲੇ ਦਿਨ ਸਾਨੂੰ ਆ ਕੇ ਲਫੇੜੇ ਦਿਖਾਉਂਦਾ ਕਹਿੰਦਾ ਤੁਹਾਨੂੰ ਜੇਲ੍ਹ 'ਚ ਸਿੱਟਿਆ ਹੋਵੇ, ਫਲਾਨਾ ਕਰਿਆ ਹੋਵੇ। ਉਹਨੂੰ ਅਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ? ਨਹੀਂ ਕਰਦੇ। ਬਿਲਕੁਲ। ਤਾਂ ਅਸੀਂ ਅੱਗੇ ਚੱਲਦੇ ਹਾਂ। ਇੱਧਰ ਕਾਫੀ ਸਾਡੇ ਨਾਲ ਜੁੜੇ ਹੋਏ ਨੇ ਬਜ਼ੁਰਗੋ। ਕਿੰਨੀ ਕੁ ਉਮਰ ਹੋ ਗਈ ਤੁਹਾਡੀ? ਅੱਜ ਇੱਥੇ ਬੈਠੇ ਹੋਗੇ, ਪਤਾ ਮਸਲੇ ਦਾ ਪੂਰੇ ਦਾ? ਨਹੀਂ ਜੀ, ਆਪਾਂ ਨੂੰ ਨਹੀਂ ਕੋਈ ਪਤਾ ਹੈ। ਅੱਜ ਇੱਥੇ ਸੱਦਿਆ ਗਾ ਤੁਹਾਨੂੰ, ਕਹਿੰਦੇ ਕਿ ਕੱਲ ਸਰਪੰਚ ਨੂੰ ਕਾਫੀ ਕੁਝ ਬੋਲ ਗਿਆ। ਸਰਪੰਚ ਨੂੰ ਬਹੁਤ ਕੁਝ ਬੋਲ ਗਿਆ ਜੀ, ਇਕੱਲੇ ਸਰਪੰਚ ਨੂੰ ਸਾਰੇ ਪਿੰਡ ਨੂੰ ਬੋਲ ਗਿਆ। ਸਾਨੂੰ ਬਹੁਤ ਮਾੜਾ ਬੰਦਾ ਇਹ, ਵੀ ਅਸੀਂ ਇਹਨੂੰ ਗਾਹਾਂ ਵਾਸਤੇ ਪਿੰਡ 'ਚ ਵੜਨ ਨਹੀਂ ਦਿੰਦੇ। ਬਸ ਆਪਣੀ ਉਮਰ ਦੇ ਵਿੱਚ ਕਦੇ ਦੇਖਿਆ ਸੀ ਇਹੋ ਜਿਹਾ ਕੁਝ ਐਮਐਲਏ ਵੱਲੋਂ ਸਰਪੰਚ ਨੂੰ ਬੋਲਿਆ ਗਿਆ ਹੋਵੇ? ਅਸੀਂ ਇਹੋ ਜਿਹਾ ਬੰਦਾ ਅੱਜ ਤੱਕ ਦੇਖਿਆ ਹੀ ਨਹੀਂ ਸੀ। ਇਹ ਕਹਿੰਦਾ ਸੀ ਵੀ ਬਦਲਾਓ ਕਰੂੰਗਾ। ਹੁਣ ਥਾਂ ਥਾਂ ਤਾਂ ਚੋਰੀਆਂ ਹੋਈ ਜਾਂਦੀਆਂ, ਥਾਂ ਥਾਂ ਕੋ ਜਿੱਥੇ ਮਰਜ਼ੀ ਲੁੱਟ ਖੋਹ ਹੋਈ ਜਾਂਦੀ ਆ। ਆ ਸਾਡੇ ਭੜਾਂ ਵਾਲੇ ਰਾਹ ਦੇ ਵਿੱਚ ਕੋਈ ਨਹੀਂ ਲੰਘਣ ਦਿੰਦਾ ਹੈ। ਇਹਦੇ ਰਾਜ ਦੇ ਵਿੱਚ ਬਦਲਾਓ ਹੋਇਆ ਵਾ। ਕੁਲਚਿਆਂ ਵਾਲੇ ਤੋਂ ਵੀ ਪੈਸੇ ਖੋਹੀ ਜਾਂਦੇ ਆ। ਕੁਲਚਿਆਂ ਵਾਲੇ ਤੋਂ ਵੀ? ਹਾਂ, ਜਿਹੜਾ ਕੁਲਚਿਆਂ ਵਾਲਾ ਬੰਦਾ ਨਾ ਉਸ ਤੋਂ ਵੀ ਪੈਸੇ ਖੋਲੇ ਇਹਦੇ ਰਾਜ ਦੇ ਵਿੱਚ। ਜਿਹੜਾ ਕਹਿੰਦਾ ਸੀ ਵੀ ਬਦਲਾਓ ਹੋਊਗਾ, ਵੀ ਬਦਲਾਓ ਹੋਈ ਜਾਂਦਾ। ਹੁਣ ਇੱਥੋਂ ਘਰ ਤੱਕ ਜਾਣ ਦਾ ਕੋਈ ਪਤਾ ਨਹੀਂ ਵੀ ਜਾਣ ਦੇਊਗਾ ਕੋਈ ਕਿ ਨਾ ਜਾਣ ਦੇਊਗਾ। ਇੰਨਾ ਇਹ ਰਾਜ ਪੁੱਠਾ ਆਇਆ ਜਿੰਨਾ ਵੀ ਕਹਦੇ। ਅਸੀਂ ਇਹਨੂੰ ਗਾਹਾਂ ਵਾਸਤੇ ਪਿੰਡ 'ਚ ਨਹੀਂ ਵੜਨ ਦੇ। ਵੋਟ ਤਾਂ ਅਸੀਂ ਇਹਨੂੰ ਐਤਕੀ ਵੀ ਨਹੀਂ ਸੀ ਪਾਈ, ਅਸੀਂ ਤਾਂ ਹੋਰਾਂ ਲੋਕਾਂ ਨੇ ਪਾਈਆਂ ਜਾਣੀ ਦੀ। ਅਸੀਂ ਤਾਂ ਇਹਨੂੰ ਜ਼ਿੰਦਗੀ ਭਰ ਹੀ ਨਹੀਂ ਪਾਉਂਦੇ। ਇੰਨਾ ਰਾਜ ਇਹ ਪੁੱਠਾ ਸੀ। ਚੰਨੀ ਹੋਰੇ ਖੜੇ ਹੋਏ ਸੀ ਇੱਥੋਂ। ਚੰਨੀ ਹੋਰੇ ਹੋਏ ਸੀਗੇ, ਇਦੋਂ ਤਾਂ ਅਸੀਂ ਜੇ ਚੰਨੀ ਹੋਰਾਂ ਨੂੰ ਪਾਉਂਦੇ ਉਹ ਇਦੋਂ 100 ਗੁਣੇ ਚੰਗੇ ਸੀ। ਇਹਨਾਂ ਜਿੰਨਾ ਤਾਂ ਬੰਦਾ ਮਾੜਾ ਤਾਂ ਅਜੇ ਤੱਕ ਜੰਮਿਆ ਹੀ ਨਹੀਂ, ਹੋਰ ਤਾਂ ਕੀ ਹੈਗਾ। ਇਦੋਂ ਗਾਹਾਂ ਤਾਂ ਕੋਈ ਜੰਮੂਗਾ ਕੀ? ਅਸੀਂ ਤਾਂ ਬਾਹਲੇ ਵਿਰੁੱਧ ਹੋਏ ਬੈਠੇ ਹਾਂ। ਕੇਵਲਾਂ ਸਾਡੀਆਂ ਨਹੀਂ ਰਹਿੰਦੀਆਂ, ਹੋਰ ਕੁਛ ਸਾਡਾ ਨਹੀਂ ਰਹਿੰਦਾ ਹੈ। ਖੇਤਾਂ 'ਚੋਂ ਕੁੱਲ ਬੰਦੇ ਦੇ ਸਿੰਡੀਕੇਟ ਚੁਕਵਾਤੇ ਇਹਦੇ ਰਾਜ ਦੇ ਵਿੱਚ। ਕੁੱਲ ਬੰਦੇ ਨੇ ਲਿਆ ਕੇ ਘਰੀ ਆਪਦੇ ਭੋਰਾ ਘਰ ਹੈ ਉਹਨਾਂ ਦੇ ਵਿੱਚ ਲਿਆ ਕੇ ਸਿੰਡੀਕੇਟ ਲਾਈ ਬੈਠੇ ਆ। ਐਂ ਨਹੀਂ ਪਤਾ ਵੀ ਜਾਂਦਿਆਂ ਨੂੰ ਖੇਤ ਭਾਵੇਂ ਨੇ ਟੋਕੇ ਵੀ ਨਹੀਂ ਹੋਣੇ ਜਾਂ ਪਟਾ ਵੀ ਨਹੀਂ ਹੋਣਾ ਜਾਂ ਕੁਛ ਵੀ ਨਹੀਂ ਹੋਣਾ। ਕੋਈ ਰਾਜਾ ਬਾਬੂ ਨੂੰ ਜੇ ਕਿਤੇ ਜਾਹਾ ਉੱਥੇ ਥਾਣੇ 'ਚ ਉਹ ਕਹਿੰਦੇ ਨਾ ਤਰੋ, ਨਾ ਕਿਹਦਾ ਤਰ ਗਏ। ਅਸੀਂ ਤਾਂ ਉਦੋਂ ਪਏ ਹੁੰਦੇ। ਬਸ ਇੰਨਾ ਕੀ ਕੁਛ ਕਹਿਣ ਜਾਣਦੇ ਜੀ ਅਸੀਂ ਤਾਂ। ਪੈਸੇ ਪੂਸੇ ਤਾਂ ਨਹੀਂ ਜੇਬ 'ਚ ਰੱਖਦੇ ਤੁਸੀਂ? ਕਿਤੇ ਭੱਜਿਆ ਵੀ ਨਹੀਂ? ਅਸੀਂ ਡੱਕਾ ਨਹੀਂ ਰੱਖਦੇ ਨਾ, ਸਾਥੋਂ ਭੱਜਿਆ ਜਾਂਦਾ। ਸਾਥੋਂ ਕਰਮ ਨਹੀਂ ਤੁਰਨ ਦਿੰਦੇ, ਉਹਦੀ ਖੋਲਣਗੇ। ਸਾਨੂੰ ਤਾਂ ਕਰਮ ਨਹੀਂ ਤੁਰਨ ਦਿੰਦੇ, ਉਹਦੀ ਖੋਲਣਗੇ। ਆ ਸੋਟੀ ਰੱਖੀ ਆ, ਸੋਟੀ ਸਹਾਰਾ ਨਹੀਂ ਬਣਦੀ ਫਿਰ? ਉਹ ਸੋਟੀ ਕੁਛ ਨਹੀਂ, ਉਹਦੇ ਉਹਨਾਂ ਕੋਲੇ ਦਾਹ ਹੁੰਦੇ ਆ। ਇਹ ਸੋਟੀ ਤਾਂ ਸਾਨੂੰ ਪਰ ਹੀ ਸਿੱਟਣੀ ਪੈਂਦੀ ਆ। ਇਹ ਤਾਂ ਇਕੱਲਾ ਮਾੜਾ ਜਿਹਾ ਤੁਰਨ ਦੀ ਖਾਤਰ ਹੀ ਆ ਬਸ। ਪੈਸਾ ਪੂਸਾ ਨਹੀਂ ਕਿਸੇ ਕੋਲੇ ਛੱਡਦੇ। ਪੈਸੇ ਵਾਲੀ ਤਾਂ ਸਰਕਾਰ ਹੀ ਖਤਮ ਹੈ। ਪੈਸੇ ਨੂੰ ਤਾਂ ਫਿਰਦੇ ਆ। ਬਸ ਇੰਨਾ ਕੁਛ ਕਹਿਣੀ ਚਾਹੁੰਦੇ ਸੀ ਜੀ। ਤਾਂ ਅਸੀਂ ਅੱਗੇ ਚੱਲਦੇ ਹਾਂ। ਇੱਧਰ ਹਾਂਜੀ, ਐਸਐਚਓ ਸਾਹਿਬ ਨਾਲ ਸੀਗੇ ਕੱਲ? ਹਾਂ, ਮੂਹਰੇ ਖੜੇ ਰਿਹਾ। ਤਾਂ ਇੱਧਰ ਪ੍ਰਸ਼ਾਸਨ ਵੀ ਬੈਠਾ ਸੀ। ਫਿਰ ਇਹਨਾਂ ਲੋਕਾਂ ਕੋਲ ਆਉਣੇ ਆ, ਸਾਡੇ ਕੋਲ ਮੌਜੂਦ ਆ। ਅਸੀਂ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਾਂਗੇ। ਐਸਐਚਓ ਸਾਹਿਬ, ਤੁਸੀਂ ਕੱਲ ਨਾਲ ਸੀਗੇ ਜਿਹੜੀ ਘਟਨਾ ਵਾਪਰੀ ਆ ਇੱਥੇ ਹੋਇਆ ਜੋ ਕੁਝ ਹੋਇਆ? ਤੁਸੀਂ ਕੱਲ ਨਾਲ ਸੀਗੇ? ਹਾਂਜੀ। ਜਿਹੜਾ ਇੱਥੇ ਕੱਲ ਵਿਧਾਇਕ ਦੇ ਨਹੀਂ, ਆਪਾਂ ਵੀ ਗੱਲ ਬਹੁਤ ਬਾਹਲੀ ਜ਼ਰੂਰੀ ਆ ਗੱਲ ਜਿਹੜੀ ਆਪਾਂ ਕਰ ਰਹੇ ਹਾਂ। ਲੋਕਾਂ ਦੀ ਮਸਲਾ ਹੈਗਾ। 9763 ਜੀ 95486। ਅੱਛਾ, ਨੰਬਰ ਲਿਖਾ ਰਹੇ ਨੇ ਐਸਐਚਓ ਸਾਹਿਬ। ਅਸੀਂ ਕੋਈ ਨਹੀਂ, ਇੱਥੇ ਖੜੇ ਆ, ਗੱਲਬਾਤ ਕਰਾਂਗੇ ਐਸਐਚਓ ਸਾਹਿਬ ਦੇ ਨਾਲ। ਇੱਧਰ ਕਦੀ ਮਗਰਲੇ ਪਾਸੇ ਦਿਖਾ ਦੇ, ਮਾੜਾ ਜਿਹਾ ਕੈਮਰਾ ਦਿਖਾ ਦੇ। ਮਗਰਲੇ ਪਾਸੇ ਲੋਕ ਖੜੇ ਨੇ। ਲੋਕ ਨੇ ਦੱਸਿਆ ਗਾ ਕਿ ਐਸਐਚਓ ਸਾਹਿਬ ਨਾਲ ਸੀਗੇ। ਤੁਸੀਂ ਵੀ ਨਾਲ ਹੋਵੋਗੇ, ਮੁਲਾਜ਼ਮ ਹੋ ਤੁਸੀਂ ਇੱਥੋਂ ਥਾਣੇ 'ਚ? ਕਿਵੇਂ ਤੁਸੀਂ ਕੱਲ ਜੋ ਇੱਥੇ ਵਾਪਰਿਆ ਉਹਦੇ ਦੇਖਿਆ ਹੋਣਾ ਤੁਸੀਂ ਸਾਰਾ ਕੁਝ, ਕੀ ਕੁਝ ਹੋਇਆ ਇੱਥੇ? ਉਹ ਤਾਂ ਜੀ ਰੁਕਾਵਟ ਆਉਂਦੇ ਸੀ, ਹੋਰ ਤਾਂ ਕੀ ਦੇਖਿਆ ਸਰ। ਕੌਣ ਰੁਕਾਵਟ ਪਾਉਂਦੇ ਸੀ? ਆਪਣੇ ਪਬਲਿਕ ਹੀ। ਪਬਲਿਕ ਇੱਥੇ ਇਕੱਠੀ ਹੋਈ ਆ। ਪਬਲਿਕ ਕਹਿੰਦੇ ਵੀ ਸਾਨੂੰ ਚਾਹੀਦੀ ਨਹੀਂ ਮੁਹੱਲਾ ਕਲੀਨਿਕ, ਸਾਡੇ ਤੇ ਧੱਕੇ ਨਾਲ ਥੋਪੇ ਜਾ ਰਹੇ ਨੇ। ਪਿੰਡ ਦਾ ਕੰਮ ਹੈ ਸਰ, ਇਹਨਾਂ ਵੀ ਚਾਹੀਦਾ ਜਾਂ ਨਹੀਂ ਚਾਹੀਦਾ ਸਰ। ਠੀਕ ਹੈ ਜੀ। ਐਸਐਚਓ ਸਾਹਿਬ ਕਿਸੇ ਨਾਲ ਵੱਡੇ ਅਫਸਰ ਨਾਲ ਲੱਗੇ ਨੇ ਜਾਂ ਕੋਈ ਪਰਸਨਲ ਗੱਲ ਕਰ ਰਹੇ ਨੇ? ਮਾਨਸਾ ਡਿਪਟੀ ਸਾਹਿਬ ਦੇ ਨਾਲ ਗੱਲ ਚੱਲਦੀ ਹੈ ਜੀ। ਉਹਨਾਂ ਨੇ ਕਹਿੰਦੇ ਇੱਥੇ ਕੋਈ ਕੰਮ ਸੀ ਉਹਨਾਂ ਦਾ ਜ਼ਰੂਰੀ। ਉਹਨਾਂ ਨੇ ਡਿਊਟੀ ਮੇਰੀ ਲਾਈ ਸੀ ਯਾਰ, ਮੇਰਾ ਨੰਬਰ ਦਿੱਤਾ ਉਹਨਾਂ ਨੇ ਸਰ। ਬਈ ਤੁਸੀਂ ਵੀ ਨਾਲ ਸੀ ਕੱਲ? ਨਾਲ ਨਹੀਂ ਸੀਗੇ? ਥਾਣੇ 'ਚ ਸੀ ਤੁਸੀਂ? ਨਹੀਂ, ਮੈਂ ਤਾਂ ਜੀ ਬਾਹਰ ਆਊਟ ਸਟੇਸ਼ਨ ਹੀ। ਅੱਛਾ, ਆਊਟ ਸਟੇਸ਼ਨ ਸੀ। ਤਾਂ ਇੱਥੇ ਹੋਰ ਵੀ ਮੁਲਾਜ਼ਮ ਖੜੇ ਨੇ। ਬਾਈ ਤੁਸੀਂ ਤਾਂ ਨਹੀਂ ਨਾਲ? ਤੁਸੀਂ ਤਾਂ ਨਹੀਂ ਸੀ ਨਾਲ? ਸਭ ਦੱਸ ਸਕਦੇ ਸਾਡੇ। ਹਾਂਜੀ, ਨਾ ਸਾਡੇ ਤਾਂ ਡਿਊਟੀਆਂ ਲੱਗੀਆਂ ਹੋਈਆਂ ਬਾਹਰ। ਨਹੀਂ, ਤੁਸੀਂ ਇੱਥੇ ਪਿੰਡ 'ਚ ਸੀ ਜਾਂ ਬਾਹਰ ਸੀ ਕਿਤੇ? ਪਾਸੇ ਬਾਹਰ ਸਾਡੀਆਂ ਡਿਊਟੀਆਂ ਲੱਗੀਆਂ, ਬਾਹਰ ਡਿਊਟੀਆਂ ਲੱਗੀਆਂ ਨੇ, ਉਹ ਕਰਕੇ ਜਾਣਾ ਪੈਂਦਾ। ਸਾਰੇ ਡਿਊਟੀਆਂ ਅਲੱਗ-ਅਲੱਗ। ਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਐਸਐਚਓ ਸਾਹਿਬ ਦੇ ਨਾਲ ਅਸੀਂ ਗੱਲ ਕਰਨੀ ਚਾਹੀ। ਤਾਂ ਹੁਣ ਦੇਖਦੇ ਆਂਗੇ ਕਿ ਸਾਡੇ ਨਾਲ ਗੱਲ ਕਰਨਗੇ ਜਾਂ ਨਹੀਂ ਕਰਨਗੇ। ਤਾਂ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਮੁੱਦੇ ਦੀ ਤਹਿ ਤੱਕ ਜਾਇਆ ਜਾਵੇ, ਕਿਉਂਕਿ ਇੱਥੇ ਸਾਨੂੰ ਬਜ਼ੁਰਗਾਂ ਨੇ ਦੱਸਿਆ ਕਿ ਇੱਥੇ ਚੋਰੀਆਂ ਵੀ ਬਹੁਤ ਹੁੰਦੀਆਂ ਨੇ। ਸਾਡੀਆਂ ਕੇਬਲਾਂ ਲਾਈਆਂ ਜਾਂਦੀਆਂ ਨੇ, ਸਾਡੇ ਸਿੰਡੀਕੇਟ ਚੱਕੇ ਜਾਂਦੇ ਨੇ, ਸਾਡੇ
ਜੇਬਾਂ ਦੇ ਵਿੱਚ ਅਸੀਂ ਪੈਸੇ ਰੱਖਣੋਂ ਹਟ ਗਏ ਹਾਂ ਕਿ ਸਦਰੇ ਤੋਂ ਭੱਜਾ ਨਹੀਂ ਜਾਣਾ। ਤਾਂ ਅਸੀਂ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ। SHO ਸਾਹਿਬ ਹਜੇ ਬਿਜੀ ਨੇ। ਕੁਲਦੀਪ ਉਹ ਤਸਵੀਰ ਦਿਖਾ ਦਿਓ, ਉੱਧਰ ਫੋਨ ਤੇ ਲੱਗੇ ਹੋਏ ਨੇ SHO ਸਾਹਿਬ, ਉਹ ਬਿਜੀ ਨੇ ਹਲੇ। ਤਾਂ ਅਸੀਂ ਇੱਧਰਲੇ ਪਾਸੇ ਗੱਲਬਾਤ ਕਰ ਲਈਏ ਲੋਕਾਂ ਦੇ ਨਾਲ। ਉਹਨਾਂ ਟਾਈਮ ਅੱਜ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਸਾਰਿਆਂ ਦੇ ਨਾਲ ਹੀ ਕਰਾਂਗੇ। ਗਰਾਊਂਡ ਜ਼ੀਰੋ 'ਤੇ ਰਿਪੋਰਟਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਗਰਾਊਂਡ ਜ਼ੀਰੋ ਤੋਂ ਅਸੀਂ ਮੁਲਾਕਾਤ ਆ ਜਿਹੜੀ ਲੋਕਾਂ ਦੇ ਨਾਲ ਕਰ ਰਹੇ ਹਾਂ ਕਿ ਕੀ ਵਾਪਰਿਆ। ਬਾਬਾ ਕੱਲ੍ਹ ਕੀ ਵਾਪਰਿਆ ਇੱਥੇ ਪਿੰਡ ਦੇ ਵਿੱਚ ਪਤਾ? ਕੱਲ੍ਹ ਜੀ ਸਹਿਣਾ ਪਿੰਡ ਦੇ ਅੰਦਰ ਜਿਹੜੀ ਇਹ ਮਹੱਲਾ ਕਲੀਨਿਕ ਦਾ ਜੋ ਉਦਘਾਟਨ ਹੋਇਆ, ਅਸੀਂ ਇੱਥੇ ਬਾਜ਼ਾਰ 'ਚ ਇਹ ਵੀਡੀਓ ਵਗੈਰਾ ਜੋ ਪੰਚਾਇਤ ਨੇ ਧਰਨਾ ਲਾਇਆ ਸੀਗਾ, ਉਸ ਤੋਂ ਬਾਅਦ ਗਏ ਅਸੀਂ ਉੱਥੇ। ਪ੍ਰਸ਼ਾਸਨ ਵੀ ਦਾ ਬੰਦੋਬਸਤ ਬਹੁਤ ਸੀਗਾ ਅਤੇ ਉਦੋਂ ਬਾਅਦ ਅੰਦਰ ਵੀ ਜਾ ਕੇ ਆਏ। ਅਸੀਂ ਆਖਿਆ ਵੀ ਠੀਕ ਆ, ਦੇਖੋ ਕਿਹੜੀਆਂ ਇਹਨਾਂ ਨੇ ਮਸ਼ੀਨਾਂ ਲਾਈਆਂ। ਅਤੇ ਇਹ MLA ਸਾਹਿਬ ਨਾਲ ਜੋ ਵੀਡੀਓ ਆਈ, ਉਹ ਵੀਡੀਓ 'ਤੇ ਅਸੀਂ ਦੇਖਿਆ, ਮੌਕੇ 'ਤੇ ਅਸੀਂ ਨਹੀਂ ਸੀਗੇ, ਪਰ ਅੰਦਰ ਕੋਈ ਸਾਨੂੰ ਮਸ਼ੀਨ ਦਿਖਾਈ ਗਈ ਨਹੀਂ। ਜੋ ਜੇ ਮੰਤਰੀ ਸਾਹਿਬ ਪਬਲਿਕ ਨੇ ਬਣਾਇਆ, ਜੋ ਉਹਨਾਂ ਨੇ ਕਿਹਾ ਵੀ ਅਸੀਂ ਥੱਪੜ ਮਾਰਾਂਗੇ, ਅਸੀਂ ਇਹਦਾ ਵਿਰੋਧ ਕਰਦੇ ਹਾਂ ਪਿੰਡ ਵੱਲੋਂ। ਜੋ ਕਿ ਇਹ ਮਾਨਵ ਅਧਿਕਾਰਾਂ ਦਾ ਹੰਨਣਾ, ਧਰਨਾ ਲਾਉਣਾ ਹਰੇਕ ਮਨੁੱਖ ਦਾ ਆਵਾਜ਼ ਉਠਾਉਣ ਦਾ ਉਹਦਾ ਹੱਕ ਆ, ਉਹਨੂੰ ਦਬਾਇਆ ਨਾ ਜਾਵੇ। ਜੋ ਕਿ ਪਬਲਿਕ ਦੇ ਅੰਦਰ ਹਰੇਕ ਬੰਦਾ ਆਪ ਬੋਲ ਸਕੇ। ਬਾਕੀ ਪਿੰਡ ਦਾ ਇਹ ਆ ਵੀ ਵੱਡਾ ਪਿੰਡ ਆ ਸਾਡਾ, ਆਬਾਦੀ ਵਾਲਾ ਹੈ। ਜੋ ਇਹਨਾਂ ਦੀ ਮੰਗ ਸੀ ਵੀ ਇਹਨੂੰ ਵੱਡਾ ਕੀਤਾ ਜਾਵੇ, ਨਾ ਕਿ ਛੋਟਾ ਕੀਤਾ ਜਾਵੇ। ਤਾਂ ਅਸੀਂ ਅੱਗੇ ਚੱਲਦੇ ਹਾਂ। ਆਹ ਨੌਜਵਾਨ ਬੈਠੇ ਨੇ ਬਈ, ਸਰਪੰਚ ਦੀ ਸਪੋਰਟ 'ਚ ਆਏ ਹੋ? ਹਾਂਜੀ ਬਿਲਕੁਲ ਬਾਈ। ਤੇ ਕੱਲ ਜੋ ਵੀ ਵਾਪਰਿਆ ਤੁਹਾਨੂੰ ਪਤਾ ਹੀ ਹੈ, ਸਾਰੇ ਵਾਇਰਲ ਹੋ ਚੁੱਕਿਆ ਹੈਗਾ। ਤੇ ਆਪਾਂ ਦੇਖ ਸਕਦੇ ਹਾਂ ਵੀ ਸਰਪੰਚ ਸਾਹਿਬ ਕਿੰਨੀ ਰਿਸਪੈਕਟ ਨਾਲ ਗੱਲ ਕਰ ਰਹੇ ਨੇ, ਤੇ ਉਹਦਾ ਮੋੜਵਾਂ ਜਵਾਬ ਕੀ ਮਿਲ ਰਿਹਾ ਤੁਹਾਨੂੰ ਪਤਾ ਹੀ ਆ ਵੀ 4 ਲਫੇੜੇ ਮਾਰ ਕੇ ਅੰਦਰ ਸੁੱਟ ਦਿੱਤਾ ਜਾਊਗਾ। ਇਹ ਬਹੁਤ ਸਰਾਸਰ ਗਲਤ ਆ। ਉੱਦਾਂ ਹੀ ਪਤਾ ਵੀ ਇੱਦਾਂ ਬੋਲਣਾ ਬਹੁਤ ਗਲਤ ਆ। ਤੇ ਜੇ ਮੂਹਰੋਂ ਕੋਈ ਰਿਸਪੈਕਟ ਨਾਲ ਗੱਲ ਕਰਦਾ, ਉਹਦੇ ਨਾਲ ਰਿਸਪੈਕਟ ਨਾਲ ਗੱਲ ਕਰੋ। ਚਾਹੁੰਦੇ ਹੋ ਇੱਥੇ ਮੁਹੱਲਾ ਕਲੀਨਿਕ ਬਣੇ? ਨਹੀਂ ਵੀਰੇ, ਦੇਖੋ ਸਾਡੇ ਪਿੰਡ ਦੀ ਆਬਾਦੀ ਬਹੁਤ ਜ਼ਿਆਦਾ ਹੈਗੀ, ਯਾਨੀ ਕਿ 10-12 ਹਜ਼ਾਰ ਤਾਂ ਵੋਟ ਹੀ ਆ। ਤੇ ਹਾਂ ਬਣ ਜੇ, ਬਟ ਉਹ ਹਸਪਤਾਲ ਨੂੰ ਨਾ ਮਤਲਬ ਡੀਗ੍ਰੇਡ ਕੀਤਾ ਜਾਵੇ, ਉਹ ਉੱਦਾਂ ਹੀ ਚੱਲਣ ਦਿੱਤਾ ਜਾਵੇ, ਸਾਈਡ ਤੇ ਬਣ ਜੇ। ਕਿੱਥੇ ਤਾਂ ਅਪਗ੍ਰੇਡ ਕਰਨ ਦੀ ਬਜਾਏ ਉਹਨੂੰ ਛੋਟਾ ਕਰ ਰਹੇ ਆ। ਤੇ ਜਿਹੜੇ ਹੁਣ ਗਰੀਬ ਮਜ਼ਦੂਰ ਲੋਕ ਆ ਉਹ ਕਿੱਥੇ ਜਾਣਗੇ ਬਾਈ ਯਾਰ। ਬਿਲਕੁਲ ਹਾਂਜੀ। ਤਾਂ ਅੱਗੇ ਚੱਲਦੇ ਹਾਂ। ਬਜ਼ੁਰਗੋ ਕਿੰਨੀ ਕੁ ਉਮਰ ਹੋ ਗਈ? ਦੇਖਿਆ ਪਹਿਲਾਂ ਇਹੋ ਜਿਹਾ MLA ਜਿਹੜਾ ਕਹਿੰਦਾ ਸਰਪੰਚ ਨੂੰ ਵੀ ਮੈਂ ਥੱਪੜ ਮਾਰ ਦੂੰ? ਮੈਂ ਨਹੀਂ ਦੇਖਿਆ, ਨਹੀਂ ਸੀਗਾ। ਜੇ ਮੈਂ ਕੋਲੇ ਹੁੰਦਾ ਫਿਰ ਦੱਸ ਦਿੰਦਾ। ਨਹੀਂ ਪਹਿਲਾਂ ਤੁਸੀਂ ਆਪਦੀ ਉਮਰ 'ਚ ਦੇਖਿਆ ਹੋਵੇ? ਤਾਂ ਹੀ ਕੋਈ MLA ਨਹੀਂ ਦੇਖਿਆ ਇਹੋ ਜਿਹਾ, ਪਰ ਮੈਂ ਕੋਲੇ ਨਹੀਂ ਸੀ ਵੀ ਕੀ ਗੱਲ ਹੋਈ ਹੈ, ਇਹ ਗੱਲ ਦਾ ਨਹੀਂ ਪਤਾ ਮੈਨੂੰ। ਤੁਸੀਂ ਦੇਖਿਆ ਬਜ਼ੁਰਗੋ ਕਿੰਨੀ ਉਮਰ ਹੋ ਗਈ ਇਹੋ ਜਿਹਾ MLA ਪਹਿਲਾਂ ਉਹਦੀ ਉਮਰ 'ਚ ਦੇਖਿਆ ਹੋਵੇ ਜਿਹੜਾ ਕਹਿੰਦਾ ਹੋਵੇ ਵੀ ਮੈਂ ਸਰਪੰਚ ਲਈ ਥੱਪੜ ਮਾਰੂ? ਮੈਂ ਤਾਂ ਕੱਲ ਫੇਰ ਸੀਗਾ। ਨਹੀਂ ਤੁਸੀਂ ਆਪਦੀ ਉਮਰ 'ਚ ਪਹਿਲਾਂ ਦੇਖਿਆ ਹੋਵੇ, ਕੋਈ ਬਾਦਲਾਂ ਵੇਲੇ ਦੇਖਿਆ ਹੋਵੇ ਜਾਂ ਕੈਪਟਨਾਂ ਵੇਲੇ ਦੇਖਿਆ ਹੋਵੇ? ਉਮਰ ਹਾਂ 73 ਸਾਲ ਹੈ। ਇਹੋ ਜਿਹਾ ਮੈਂਬਰ ਵੀ ਨਹੀਂ ਦੇਖਿਆ ਕੋਈ। ਹਾਂਜੀ ਮੈਂਬਰ ਵੀ ਨਹੀਂ ਦੇਖਿਆ। MLA ਦਾ ਕੀ ਦੇਖਣਾ ਸੀ? ਜਿਵੇਂ ਉਹ ਬੋਲਿਆ ਇੰਨੀਆਂ ਬੁੜੀਆਂ ਤੇ ਇਹੋ ਜਿਹਾ ਬੋਲਿਆ ਇਹਨੂੰ ਸਰਪੰਚ ਨੂੰ। ਹਲਕ ਨਹੀਂ ਸਾਡੇ ਪਿੰਡ ਦੀ, ਹਲਕਾ ਪਿੰਡ ਨੂੰ ਹੀ ਬੋਲ ਗਿਆ ਉਹ। ਮੈਂਬਰ ਕਹਿੰਦਾ ਸਾਡੀਆਂ ਵੋਟਾਂ ਪਾਇਆ, ਆ ਦਿੱਤਾ ਉਹਨੇ ਫਲ। ਕਹਿੰਦੇ ਸਰਪੰਚ ਦਾ ਪਿੰਡ ਦੀ ਪੱਗ ਹੁੰਦੇ ਨੇ। ਹਾਂ ਫਿਰ ਸਾਡੀ ਤਾਂ ਪੱਗ ਉਹ ਸਿੱਟ ਗਿਆ ਪੈਰਾਂ 'ਚ ਉਹਦੇ। ਸਾਡਾ ਕੀ ਰਹਿ ਗਿਆ ਹੁਣ ਇੱਥੇ? ਕਿੱਥੇ ਭਗਵੰਤ ਮਾਨ ਕਹਿੰਦਾ ਸੀ ਮੈਂ ਬਣਾ ਦੂੰ, ਐਂ ਬਣਾ ਦੂੰ, ਸਾਡਾ ਕੀ ਸੁਣ ਲੈਣ? ਆਮ ਆਦਮੀ ਦੀ ਕਹਿੰਦਾ ਸੀ ਕੀ ਸਾਡਾ ਕਰ ਗਏ ਇਹ? ਕਿੱਥੇ ਜਾਵਾਂਗੇ ਅਸੀਂ ਦਵਾਈ ਬੂਟੀ ਲੈਣ? ਹਿਸਾਬ ਲਾਓ ਤੁਸੀਂ, ਅਸੀਂ ਕਿੱਥੇ ਜਾਵਾਂਗੇ? ਐਡਾ ਪਿੰਡ ਆ ਸਾਡਾ, ਕਿੱਥੇ ਲਾਵਾਂ ਪਿੰਡਾਂ ਦੇ ਵੀ ਇੱਥੇ ਆਉਂਦੇ 12-13 ਪਿੰਡਾਂ ਦੇ। ਕਿਤੇ ਬੁਰਜ ਬਣਾਉਂਦੇ ਜਾਂ ਢਿਲਵੀਂ ਬਣਾਉਂਦੇ, ਮੌੜੀ ਬਣਾਉਂਦੇ, ਇੱਥੇ ਲੀਲੋ ਕੋਠੀ ਬਣਾਉਂਦੇ, ਉਹ ਕੋਠੇ ਸੀ ਉੱਥੇ ਬਣਾਉਂਦੇ। ਹਾਂ ਉਹ ਬਣੀ ਬਣਾਈ ਆਹ ਜਗ੍ਹਾ ਕਿਹੋ ਜਿਹੀ ਇੱਥੇ ਬਣਾਉਂਦੇ। ਜੋ ਸਰਪੰਚ ਕਹਿੰਦਾ ਵੀ ਤੈਨੂੰ ਅਸੀਂ ਥਾਂ ਦਿੰਦੇ ਹਾਂ, ਜਗ੍ਹਾ ਦਿੰਦੇ ਹਾਂ, ਚਾਹ ਪਾਣੀ ਵੀ ਦਿਆ ਕਰਾਂਗੇ, ਸਾਰਾ ਕੁਝ ਦੇਵਾਂਗੇ, ਵੀ ਇੱਥੇ ਬਣਾਓ ਜਿੱਥੇ ਮਰਜ਼ੀ। ਧੱਕੇ ਨਾਲ ਬਣਾ ਕੇ ਗਏ ਆ। ਧੱਕੇ ਨਾਲ ਬਣਾ ਕੇ? ਧੱਕੇ ਨਾਲ ਹੀ ਬਣਾਇਆ ਜੀ, ਹੋਰ ਕੀ ਆ? ਕਹਿੰਦੇ ਅੰਦਰ ਨਹੀਂ ਬਣਨ ਦਿੱਤਾ? ਨਾ ਕਿਸੇ ਨੂੰ ਨਹੀਂ ਬਣ ਦਿੱਤਾ। ਹੋਰ ਤੁਸੀਂ ਦੇਖਿਆ ਹੀ ਇਹ ਬੋਲਣਾ ਹੀ ਹੈਗਾ ਤੁਸੀਂ ਬਈ? ਅਸੀਂ ਇਕੱਲੇ ਬੰਦੇ ਨੂੰ ਪੁੱਛ ਰਹੇ ਹਾਂ ਤਾਂ ਕਿ ਕਿਸੇ ਦੇ ਦਿਲ ਦੇ ਵਿੱਚ ਗਿਲਾ ਨਾ ਰਹੇ ਕਿ ਸਾਡੇ ਲੀਡਰ ਨੂੰ ਮਾੜਾ ਕਹਿ ਗਏ ਜਾਂ ਸਾਡੇ ਲੀਡਰ ਦੇ ਬਾਰੇ ਦੂਜੇ ਲੋਕਾਂ ਨੂੰ ਪੁੱਛ ਗਏ। ਤੁਸੀਂ ਬੋਲਣਾ ਜੀ ਕੁਛ? ਕੀ ਲੱਗਦਾ ਕੀ ਆ ਕੱਲ੍ਹ ਜਿਹੜਾ ਕੁਛ ਹੋਇਆ ਇੱਥੇ ਪਿੰਡ 'ਚ? ਪਿੰਡ 'ਚ ਤਾਂ ਕੱਲ੍ਹ ਬਹੁਤ ਉਹ ਜਿਹੜਾ MLA ਸੀ ਬਹੁਤ ਗਲਤ ਬੋਲ ਕੇ ਗਿਆ। ਐਡਾ MLA ਮਾੜਾ ਸਾਨੂੰ ਅੱਜ ਤਾਈਂ ਨਹੀਂ ਮਿਲਿਆ ਹੈ। ਅੱਜ ਨਾ ਹੁਣ ਅਸੀਂ ਉਹ ਪਿੰਡ 'ਚ ਵੜਨ ਦੇਣਾਗਾ। ਸਰਪੰਚ ਨੂੰ ਸਾਡੇ ਨੂੰ ਇਹੋ ਜਿਹਾ ਸਰਪੰਚ ਆ ਬਹੁਤ ਵੱਧ ਕੇ ਬਹੁਤ ਗਲਤ ਬੋਲ ਗਿਆ। ਇਹ ਜੇ MLA ਤੋਂ ਤਾਂ ਅਸੀਂ ਬਿਨਾਂ ਹੀ ਚੰਗੇ ਆ। ਸਾਨੂੰ ਕਹਿੰਦਾ ਵੀ 13 ਮੰਜੇ ਦਾ ਹਸਪਤਾਲ ਦੇਵਾਂਗੇ ਸਾਨੂੰ। ਹੁਣ ਜਿਹੜਾ ਸਾਡਾ ਹੈਗਾ ਜਿੰਨਾ ਕੁ ਉਹ ਵੀ ਚੱਕੀ ਜਾਂਦਾ, ਕਹਿੰਦਾ ਮੈਂ ਇਹ ਵੀ ਚੱਕ ਨੂੰ, ਉਹਦਾ ਕੀ ਦੇਣਾ ਜੀ? ਕੁਛ ਹੋਰ ਹੀ ਬਣਾਈ ਜਾਂਦਾ। ਮੈਨੂੰ ਉਹਦਾ ਪਤਾ ਲੱਗਦਾ ਵੀ ਕੀ ਬਣਾਉਂਦਾ, ਕੋਈ ਦੁਕਾਨ ਬਣਾਉਂਦਾ, ਕੀ ਬਣਾਉਂਦਾ। ਇਹਨੂੰ ਕਹਿੰਦੇ ਵੀ ਗਾਹਾਂ ਨੂੰ ਸਾਡੇ ਪਿੰਡ 'ਚ ਨਾ ਵੜੇ, ਬਸ
ਅਸੀਂ ਤਾਂ ਇਹ ਤੋਂ ਬਿਨਾਂ ਹੀ ਚੰਗੇ ਆ। ਕਹਿ ਦਈਏ ਵੀ ਗਾਹਾਂ ਨੂੰ ਨਾ ਬੜੇ ਸਹਿਣੇ 'ਚ ਕਹਦੇ ਵੀ ਸਾਡੇ ਪਿੰਡ 'ਚ ਨਾ ਬੜੇ ਐਮਐਲਏ, ਅਸੀਂ ਤਾਂ ਇਹ ਤੋਂ ਬਿਨਾਂ ਹੀ ਚੰਗੇ ਆਂਗੇ। ਬਸ ਸਾਡੇ ਸਰਪੰਚ ਨੂੰ ਬਹੁਤ ਗਲਤ ਬੋਲ ਕੇ ਗਿਆ ਹੈ। ਪਛਤਾਉਣੇ ਹੋ ਹੁਣ, ਪਛਤਾਉਣੇ ਹੋ ਵੀ ਜਾਂ ਬਾਦਲਾਂ ਨੂੰ ਹੀ ਵੋਟ ਪਾ ਕੇ ਜਿਤਾ ਦਿੰਦੇ ਜਾਂ ਚੰਨੀ ਵਰਗਿਆਂ ਨੂੰ ਜਿਤਾ ਦਿੰਦੇ। ਅਸੀਂ ਤਾਂ ਜਮਾ ਪਛਤਾਉਨੇ ਆ, ਸਾਨੂੰ ਤਾਂ ਪਤਾ ਨਹੀਂ ਸੀ ਵੀ ਅਸੀਂ ਤਾਂ ਕਿ ਵੀ ਗਰੀਬ ਘਰ ਦਾ ਪੁੱਤਾ ਚੱਲ ਬਣਾ ਦਿੰਨੇ ਆ। ਇਹਨੂੰ ਤਾਂ ਸਹੁਰੇ ਨੂੰ ਜਮਾ ਹੀ ਮੱਤ ਨਹੀਂ, ਨਾ ਸੂਹਾ ਨਾ ਸੱਪਾ। ਇਹਨੇ ਤਾਂ ਬਹੁਤ ਗਲਤ ਬੋਲ ਕੇ ਗਿਆ ਸਾਡੇ ਪਿੰਡ 'ਚ, ਨਜਾਇਜ਼ ਜੀ। ਇਦੋਂ ਮੁੜ ਕੇ ਮੈਂ ਤਾਂ ਦੱਸ ਵੀ ਸਾਡੇ ਪਿੰਡ 'ਚ ਨਾ ਬੜੇ, ਬਸ ਇਹ ਤੋਂ ਬਿਨਾਂ ਹੀ ਚੰਗੇ ਸੀ। ਤਾਂ ਨਾ ਸਾਨੂੰ ਇਹਦੀ ਮਦਦ ਦੀ ਲੋੜ ਆ, ਨਾ ਸਾਨੂੰ ਇਹਦੇ ਕੋਈ ਪਿਆਰ ਦੀ ਲੋੜ ਆ। ਸਾਨੂੰ ਇਹਨੂੰ ਸਾਡੇ ਪਿੰਡ 'ਚ ਬੜੇ ਹੀ ਨਾ, ਬਸ ਆਹੀ ਗੱਲ ਆ, ਹੋਰ ਗੱਲ ਕੋਈ ਨਹੀਂ ਹੈ। ਬਿਲਕੁਲ, ਤਾਂ ਇਹਨਾਂ ਨੇ ਤਾਂ ਬਾਈਕਾਟ ਹੀ ਕਰਤਾ ਜੀ, ਸਾਡੇ ਪਿੰਡ 'ਚ ਹੀ ਨਾ ਬੜੇ। ਇਧਰਲੇ ਪਾਸੇ ਕਿੰਨੀ ਉਮਰ ਹੋ ਗਈ ਬਜ਼ੁਰਗੋ ਤੁਹਾਡੀ ਕਿੰਨੀ ਉਮਰ ਹੋ ਗਈ? ਸਾਡੀ ਤਾਂ ਉਮਰ ਜੀ 85-86 ਸਾਲ ਦੀ। ਅਸੀਂ ਤਾਂ ਐਂ ਦੇਖਦੇ ਸੀ ਵੀ ਉੱਥੇ ਪੋਸਟਮਾਰਟ ਹੋਏ ਨੇ ਪਹਿਲੇ ਬੰਦੇ ਦੇ ਅੰਗਰੇਜ਼ਾਂ ਦੇ ਰਾਜ ਵੇਲੇ, ਤੇ ਹੁਣ ਉਹਨੂੰ ਚੱਕ ਰਹੇ ਨੇ। ਚੱਕਿਆ ਕਾਹਤੋਂ ਜਾਂਦਾ? ਅਸੀਂ ਤਾਂ ਕਹਿੰਦੇ ਉੱਥੇ 18-20 ਬੰਦਿਆਂ ਦਾ ਹਸਪਤਾਲ ਬਣਨ ਦਾ ਆਰਡਰ ਹੋਣਾ ਚਾਹੀਦਾ ਸਰਕਾਰ ਵੱਲੋਂ, ਬਸ। ਬਿਲਕੁਲ, ਤਾਂ ਅਸੀਂ ਇੱਥੇ ਗੱਲਾਂ ਬਾਤਾਂ ਕਰੀਆਂ ਨੇ, ਤੁਹਾਨੂੰ ਤਕਰੀਬਨ ਜਿਹੜੀ ਕਿ ਸਾਰੀ ਰਿਪੋਰਟ ਆ ਉਹ ਦਿਖਾ ਦਿੱਤੀ ਆ। ਹੁਣੇ ਆਏ ਹੋ ਬਜ਼ੁਰਗੋ ਘਰੋਂ? ਤੁਰੇ ਆਏ ਹੋ? ਹਾਂਜੀ, ਤੁਰੇ ਆਏ। ਕੱਲ ਇੱਥੇ ਕਹਿੰਦੇ ਖਾਸਾ ਕੁਛ ਰੌਲਾ ਪੈ ਗਿਆ, ਕਹਿੰਦੇ ਕਾਫੀ ਕੁਛ ਵਾਪਰ ਗਿਆ। ਪਤਾ ਲੱਗਿਆ ਮੈਂ ਹੈ ਨਹੀਂ ਸੀ ਇੱਥੇ, ਬਾਹਰ ਸੀਗਾ ਮੈਂ, ਹੈ ਨਹੀਂ ਸੀ ਇੱਥੇ। ਪਹਿਲਾਂ ਦੇਖਿਆ ਉਹਦੀ ਉਮਰ ਦੇ ਵਿੱਚ ਅਜਿਹਾ ਕੁਛ ਹੁੰਦਾ? ਮੈਂ ਇਹੋ ਜਿਹਾ ਕੁਛ ਨਹੀਂ ਦੇਖਿਆ ਜੀ, ਨਹੀਂ ਦੇਖਿਆ ਜੀ। ਦੇਖਿਆ ਬਥੇਰੇ, ਚਲੋ ਸਿਆਸੀ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਆਪਦੇ ਵਿਚਾਰ ਰੱਖਦੀਆਂ ਵੀ ਚਲੋ ਚੰਗੀ ਗੱਲ ਹੈ ਜੇ ਉਹ ਪਿੰਡ ਦਾ ਕੋਈ ਕੰਮ ਹੁੰਦਾ ਸੀ। ਪਰ ਜਦੋਂ ਸਰਪੰਚ ਸਾਹਿਬ ਨੇ ਸੁਝਾਅ ਦਿੱਤੇ ਸੋ ਮੰਨ ਲੈਣਾ ਚਾਹੀਦਾ ਸੀ। ਇਹ ਗੱਲ ਸੁਣੀ ਹੈ, ਗੱਲ ਵੀ ਰੌਲਾ ਪਿਆ ਜਿਸ ਗੱਲ ਕਰਤੀ ਵੀ ਜੇ ਉਹਨਾਂ ਕੋਲ ਨਹੀਂ ਫੰਡ ਸੀ, ਬਿਲਡਿੰਗ ਸੀਗੀ ਇੱਥੇ, ਬਿਲਡਿੰਗ ਮਤਲਬ ਸਰਪੰਚ ਸਾਹਿਬ ਦੇ ਦਿੰਦੇ ਵੀ ਉੱਥੋਂ ਸਾਡੇ ਪਹਿਲਾਂ ਹੀ ਡਾਕਟਰ ਨਹੀਂ ਬਹਿੰਦਾ, ਸਾਡੇ ਪਹਿਲਾਂ ਹਸਪਤਾਲ ਬਣਿਆ ਵਾ, ਸਾਨੂੰ ਤਾਂ ਹੋਰ ਉੱਥੇ ਮਤਲਬ ਬਿਸਤਰਿਆਂ ਦਾ ਚਾਹੀਦਾ। और बार मैं सफाई सेवक सारे पिंड का भाई, मैं कहना सफाई सेवक आज दिन लेकर मैं दूजा नहीं है ਉਹ ਸ਼ਰਾਬ ਜੀ। ਹਾਂਜੀ, ਤਾਂ ਅਸੀਂ ਇੱਥੇ ਜਿਹੜੀ ਗੱਲਬਾਤ ਹੈ ਸਫਾਈ ਸੇਵਕ ਨੇ, ਉਹਨਾਂ ਨੇ ਵੀ ਇੱਧਰ SHO ਸਾਹਿਬ ਲੰਘੇ ਹੈਗੇ। ਕਿੱਧਰ ਲੰਘੇ SHO ਸਾਹਿਬ? ਸਿਮਰਨਜੀਤ ਸਿੰਘ ਮਾਨ ਵੀ ਪਹੁੰਚ ਚੁੱਕੇ ਨੇ, ਤੁਸੀਂ ਦੇਖ ਸਕਦੇ ਹੋ ਤਸਵੀਰ ਆ। ਸਰਦਾਰ ਸਿਮਰਨਜੀਤ ਸਿੰਘ ਮਾਨ ਪਹੁੰਚੇ ਨੇ, ਤਾਂ ਅਸੀਂ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕੱਲ ਕਾਫੀ ਕੁਝ ਵਾਪਰਿਆ ਇੱਥੇ। ਸਪੋਰਟ ਦੀ ਗੱਲ ਕਰ ਰਹੇ ਨੇ ਸਿਮਰਨਜੀਤ ਸਿੰਘ ਮਾਨ, ਸੰਗਰੂਰ ਤੋਂ MP ਜਿੱਤੇ ਹੋਏ ਨੇ ਜਿਮਨੀ ਚੋਣ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਅੱਜ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਇੱਥੇ ਤੁਹਾਨੂੰ ਅਸੀਂ ਤਸਵੀਰ ਦਿਖਾ। ਸਿਮਰਨਜੀਤ ਸਿੰਘ ਮਾਨ ਜਿੰਦਾਬਾਦ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ। ਤਾਂ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਨਾਲ ਗੁਰਜੰਟ ਸਿੰਘ ਕੱਟੂ, ਰਣਦੀਪ ਸਿੰਘ, ਤਾਂ ਇਹ ਸਾਰੇ ਜਿਹੜੇ ਪਾਰਟੀ ਦੇ ਮੈਂਬਰ ਨੇ ਉਹ ਵੀ ਪਹੁੰਚੇ ਨੇ। ਤਾਂ ਇੱਥੇ ਅਸੀਂ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਤੁਸੀਂ ਦੇਖ ਸਕਦੇ ਹੋ, ਇੱਕ ਪਾਸੇ MLA ਗਾਲਾਂ ਕੱਢਦੇ ਨੇ ਤਾਂ ਦੂਜੇ ਪਾਸੇ MP ਮਾਨ ਸਨਮਾਨ ਦਿੰਦੇ ਨੇ। ਤਾਂ ਸਾਡੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ। ਇੱਕ ਪਾਸੇ ਫੰਡ ਦੇ ਕੇ ਜਾਂਦੇ ਨੇ ਸੈਣਾ ਪਿੰਡ ਨੂੰ, ਤਾਂ ਇੱਕ ਪਾਸੇ MLA ਗਾਲਾਂ ਕੱਢਦੇ ਦਿਖਾਈ ਦਿੰਦੇ ਨੇ। ਤਾਂ ਅਸੀਂ ਇਸ ਮਾਨ ਸਾਹਿਬ ਨੇ 5 ਲੱਖ ਦਾ ਐਲਾਨ ਕੀਤਾ ਹਸਪੀਟਲ ਨੂੰ, ਜਿਹੜੇ ਹਸਪੀਟਲ ਦੀ ਗੱਲ ਨੂੰ ਲੈ ਕੇ ਸਰਪੰਚ ਨੂੰ ਗਾਲਾਂ ਕੱਢੇ ਆ MLA ਦੇ ਵੱਲੋਂ। ਮਾਨ ਸਾਹਿਬ, ਤੁਸੀਂ 5 ਲੱਖ ਦਾ ਐਲਾਨ ਕਰਦੇ ਹੋ, ਦੂਜੇ ਪਾਸੇ MLA ਗਾਲਾਂ ਕੱਢ ਰਹੇ ਨੇ। ਚਲੋ ਫਿਰ ਇਹਦਾ ਤਾਂ ਇਹ ਜਵਾਬ ਨਹੀਂ ਨਾ ਦੇ ਸਕਦੇ ਕੁਛ ਵੀ, ਕਿਉਂ ਕਰਕੇ ਸਰਪੰਚ ਬੁਨਿਆਦ ਹੈ ਸਾਡੀ ਜਮਹੂਰੀਅਤ ਦੀ ਜੀ, ਤੇ ਇਹਦੇ ਨਾਲ ਖੜਨਾ ਹਰੇਕ ਆਦਮੀ ਨੂੰ ਚਾਹੀਦਾ ਹੈਗਾ। ਕਿਉਂ ਕਰਕੇ ਹਰੇਕ ਆਦਮੀ ਦੇ ਦੁੱਖ ਸੁੱਖ ਸਰਪੰਚ ਸੁਣਦਾ ਹੈ, MLA ਨਹੀਂ ਸੁਣ ਸਕਦਾ, MP ਨਹੀਂ ਸੁਣ ਸਕਦਾ, ਹੋਰ ਕੋਈ ਨਹੀਂ ਸੁਣ ਸਕਦਾ। ਸਰਪੰਚ ਹੈ ਜਿਹੜਾ ਸਾਰੇ ਦੁੱਖ ਤਕਲੀਫ ਸੁਣਦਾ ਹੈਗਾ, ਤੇ ਇਹਦੀ ਇੱਜ਼ਤ ਹੋਣੀ ਚਾਹੀਦੀ ਹੈ, ਨਾ ਕਿ ਇਹਨੂੰ ਡਰਾਵੇ ਦੇਣੇ ਚਾਹੀਦੇ ਮਾਨ ਆ। ਸਾਹਿਬ, ਜਿਹੜਾ ਤੁਸੀਂ ਪਰਚੀ ਦੀ ਗੱਲ ਕਰੀ ਹੈ, ਇਹ ਮੁੱਦਾ ਜਿਹੜਾ ਇਹ ਗਾਲਾਂ ਕੱਢੀਆਂ ਗਈਆਂ MLA ਦੇ ਵੱਲੋਂ, ਤੁਸੀਂ ਲੋਕ ਸਭਾ ਦੇ ਵਿੱਚ ਇਹ ਚੁੱਕੋਗੇ? ਜੇ ਟਾਈਮ ਮਿਲਿਆ ਤਾਂ ਚੱਕਾਂਗੇ, ਪਰ ਇਹ ਮੇਰਾ ਮਤਲਬ ਹੋਰ ਬੜੇ ਮੁੱਦੇ ਹੁੰਦੇ ਹੈ ਤੇ ਵਿੱਚ ਗੱਲ ਕਰਦਿਆਂ ਫਸਾ ਸਕਾਂਗੇ ਕਿਸੇ ਗੱਲਬਾਤ ਦੇ ਵਿੱਚ। ਜੀ ਬਿਲਕੁਲ, ਤਾਂ ਅਸੀਂ ਇੱਥੇ ਗੱਲਬਾਤ ਕਰੀ ਆ, ਤੁਸੀਂ ਦੇਖ ਸਕਦੇ ਹੋ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਸਾਡੇ ਨਾਲ ਮੌਜੂਦ ਸਨ, ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰੀ ਆ। ਤਾਂ ਅੱਜ ਸਰਪੰਚ ਦੇ ਹੱਕ ਦੇ ਵਿੱਚ ਪਹੁੰਚੇ ਸੀ।
ਅੱਜ ਸਰਪੰਚ ਦੇ ਹੱਕ ਦੇ ਵਿੱਚ ਪਹੁੰਚੇ ਸੀ ਸਿਮਰਨਜੀਤ ਸਿੰਘ ਮਾਨ। ਤਾਂ ਇੱਥੇ ਇੱਕ ਪਾਸੇ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਇੱਕ ਪਾਸੇ ਲੋਕਾਂ ਦੇ ਵੱਲੋਂ ਚੁਣੇ ਹੋਏ ਸਰਪੰਚ ਨੂੰ ਲੋਕਾਂ ਦੇ ਵੱਲੋਂ ਹੀ ਚੁਣੇ ਹੋਏ ਐਮਐਲਏ ਦੇ ਵੱਲੋਂ ਗਾਲਾਂ ਕੱਢੀਆਂ ਗਈਆਂ, ਤਾਂ ਦੂਜੇ ਪਾਸੇ ਲੋਕਾਂ ਦੇ ਵੱਲੋਂ ਚੁਣੇ ਹੋਏ ਐਮਪੀ ਦੇ ਵੱਲੋਂ ਪਿੰਡ ਨੂੰ ਫੰਡ ਦੀ ਗੱਲ ਕਰੀ ਗਈ। 5 ਲੱਖ ਦਾ ਐਲਾਨ ਕੀਤਾ ਗਿਆ ਕਿ ਉਸੇ ਹਸਪੀਟਲ ਦੇ ਵਿੱਚ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਤਾਂ ਅਸੀਂ ਆਪਣੇ ਫੰਡ ਦੇ ਵਿੱਚੋਂ 5 ਲੱਖ ਰੁਪਇਆ ਦੇਵਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਗਰਾਊਂਡ ਜ਼ੀਰੋ ਤੇ ਰਿਪੋਰਟ ਆ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਕੱਢੀਆਂ ਸਾਰੇ ਪਿੰਡ ਨੂੰ, ਕੱਲੇ ਸਰਪੰਚ ਨੂੰ ਨਾ ਕਹ ਸਾਰੇ ਪਿੰਡ ਨੂੰ ਕੱਢੀਆਂ। ਜਾਂ ਇੱਥੇ ਆਏ ਦਿਨ ਬਾਲੇ ਸਾਡੇ ਨਾਲ, ਅੱਜ ਤੇ ਮਰਜ਼ੀ ਆਏ ਹਾਂ ਸਾਰੇ ਐਮਐਲਏ ਲੈਬ ਸ਼ਕਾਬ ਦੇ। ਕਿੰਨੀ ਉਮਰ ਹੋ ਗਈ ਬਾਬਾ ਤੁਹਾਡੀ? 80 ਸਾਲ ਦੀ ਹੋ ਗਈ ਜੀ। 80 ਸਾਲਾਂ ਦੀ ਦੇਖਿਆ ਪਹਿਲਾਂ ਕੋਈ ਅਜਿਹਾ ਐਮਐਲਏ ਐਮਪੀ ਜਿਹੜਾ ਪਿੰਡ ਨੂੰ ਆ ਕੇ ਬੋਲੇ? ਸਾਰੇ ਉੱਤੇ ਫਿਰਦੇ ਨਾਲ, ਇਹਦੇ ਨਾਲ ਤੁਰੇ ਫਿਰਦੇ ਸੀ, ਇਹਦੇ ਨਾਲ ਹੀ ਸਾਰੀ ਉਮਰ ਪਹਿਲਾਂ ਮੁੱਢਾ ਸੀ ਇਹਦੇ। ਇਹ ਗਜ਼ਾਰਾ ਨਾ ਤਾਂ ਕਿੱਥੇ ਰੁਲਦੇ ਆ। ਸੱਚਾ ਮੋਬਾਈਲ ਵੇਚਦਾ, ਟਰਾਂਸਫਾਰਮ ਵੇਚਦਾ, ਚੋਰ ਖੜਾ ਕਰਕੇ ਉਹ ਬਣਾਤਾ। ਚੋਰ ਨੇ ਚੋਰੀ ਵਾਲੀ ਗੱਲ ਕੀਤੀ, ਬਦਮਾਸ਼ ਵਾਲੀ ਗਾਲਾਂ ਕੱਢ ਗਿਆ। ਤੇ ਕੱਲ ਇੱਥੇ ਹੁੰਦੇ ਤਾਂ ਫਿਰ ਢਿੱਡ ਨਾ ਪਾੜ ਦਿੰਦੇ। ਸ਼ੱਕ ਅੰਦਰ ਜਾ ਵੜਦੇ ਤਾਂ ਇੱਕ ਜਾਂਦੀ ਅੰਦਰ ਵੀ ਬੰਦੇ ਜਾਂਦੇ ਨੇ। ਕਿਹੜਾ ਹੋਣਾ ਬਹੁਤ ਵੱਡੀ ਗਲਤੀ ਕੀਤੀ ਇਹਨਾਂ ਨੇ, ਬਹੁਤ ਬੇਕੂਫੀ ਕੀਤੀ। ਇਦੋਂ ਬੇਕੂਫੀ ਹੋਰ ਕੋਈ ਹੋ ਸਕਦੀ ਆ। ਸਰਪੰਚ ਨੂੰ ਉਹਦੇ ਪਿਓ ਦੇ ਕਾਤਲ ਨੂੰ ਆਪ ਕਹੇ ਹੋਵੇ ਅੰਦਰ, ਉਹਦਾ ਪਿਓ ਉਹ ਤੋਂ ਮਰਿਆ। ਅਸੀਂ ਕਹਿ ਰਹੇ ਉਹਦਾ ਪਿਓ ਉਹਨੇ ਮਾਰਿਆ ਆਪ। ਕੋਈ ਸਬੂਤ ਹੈ? ਤੁਸੀਂ ਇਹ ਗੱਲ ਬੜੀ ਵੱਡੀ ਕਹਿ ਰਹੇ ਹੋ ਅੱਜ ਇੱਥੇ ਖੜ ਕੇ ਲੋਕਾਂ ਦੀ, ਕਿਉਂਕਿ ਉਹ ਗੁੱਸੇ ਹੋ ਗਿਆ। ਉਹ ਕਿਹਦੇ ਨਾਲ ਮਰਿਆ? ਉਹਦੀ ਮਾਂ ਨਾਲ, ਉਹਦੇ ਨਾਲ ਤੋਇਆ। ਉਹ ਕਿਹਦੇ ਨਾਲ ਗੁੱਸੇ ਹੋਇਆ? ਦੱਸੇ ਕਿਹਦੇ ਨਾਲ ਗੁੱਸੇ ਹੋ ਕੇ ਮਰਿਆ? ਰਿਪੋਰਟ ਤਾਂ ਦੇਵੇ ਮੇਰਾ ਪਿਓ ਮਰਿਆ। ਉਹ ਤਾਂ ਕਹਿੰਦੇ ਅਟੈਕ ਆਇਆ, ਰਿਪੋਰਟਾਂ ਦਿੱਤੀਆਂ ਨੇ, ਕਹਿੰਦੇ ਰਿਪੋਰਟਾਂ ਦੇ ਵਿੱਚ ਅਟੈਕ ਕਢਾ ਦਿੱਤੀਆਂ ਜੀ ਪੈਸੇ ਤੇ ਐਮਐਲਏ ਦਾ ਕਢਾ ਦਿੱਤੀਆਂ। ਬਾਈ ਖੜੇ ਨੇ। ਬਾਈ ਨੌਜਵਾਨੋ, ਕੱਲ ਤੁਹਾਡੇ ਪਿੰਡ ਦੇ ਸਰਪੰਚ ਦੇ ਨਾਲ ਕਾਫੀ ਵਧੀਕੀ ਹੋਈ ਹੈ। ਇੱਕ ਮੇਰੇ ਪਿੰਡ ਤਾਂ ਗਿੱਲ ਗੁੱਠੇ ਜਿਉਂ ਸਹਿਣੇ ਨਾਲ ਹੀ ਹੈ। ਹਾਂਜੀ ਆਜੋ ਉਰੇ ਨੂੰ ਆਜੋ ਬਾਬੇ, ਉਰੇ ਨੂੰ ਆਜੋ। ਅੱਜ ਅਸੀਂ ਗੱਲਾਂ ਕਰਨੇ ਆਏ ਆ ਪਿੰਡ ਦੇ ਨਾਲ। ਜਿੱਥੇ ਮਰਜ਼ੀ ਆ ਜੇ, ਇੱਥੇ ਮਰਜ਼ੀ ਜਦੋਂ ਮਰਜ਼ੀ ਆ ਜੇ। ਤੈਨੂੰ ਦੱਸ ਕੇ ਵੀ ਆਉ ਨਾ ਤੇਰਾ ਸਾਫ ਤੇ ਜਾ ਫਿਰ ਦੇਖ ਲਾਂਗੇ ਜੀ। ਹਾਂ ਸਣੇ ਕਦੀ ਮੂੰਹ ਵੀ ਕਰਕੇ ਤਾਂ ਕਹਿ ਲੋ ਜੀ। ਮੂੰਹ ਵੀ ਕਰਕੇ ਤਾਂ ਇਹ 76 ਪੈਣਗੇ ਤਾਂ 76। ਤੁਸੀਂ ਕੋਲੇ ਸੀ ਪ੍ਰਧਾਨ ਜੀ? ਕੀ ਗੱਲਬਾਤ ਹੋਈ ਆ ਕੱਲ? ਕਿੱਥੋਂ ਸ਼ੁਰੂ ਹੋਈ ਆ, ਕਿੱਥੇ ਜਾ ਕੇ ਖਤਮ ਹੋ ਗਈ ਇਹ ਗੱਲ? ਗੱਲਬਾਤ ਸਾਡੇ ਮਿੰਨੀ ਹਸਪਤਾਲ ਅੱਡੇ ਤੇ ਬਲਾਕ ਕਰਨੀ। ਬਾਕੀ ਇਹ ਪਹਿਲਾਂ ਤੋਂ ਸੀਗਾ। ਇੱਥੇ ਜਿਹੜੇ ਪੋਸਟਮਾਰਟਮ ਵੀ ਹੁੰਦੇ ਰਹੇ। ਅੰਗਰੇਜ਼ਾਂ ਵੇਲੇ ਦਾ ਹਸਪਤਾਲ ਆ ਇਹ। ਸਾਡੇ ਪਿੰਡ ਦੇ ਲਾਰਿਆਂ ਦਾ ਸਮਝਦਾ ਵੀ ਇਹ ਦਾਨ ਕੀਤੀ ਹੋਈ ਜ਼ਮੀਨ, ਪੰਚਾਇਤੀ ਜ਼ਮੀਨ ਨਹੀਂ, ਇਹਨੂੰ ਬਦਲ ਨਹੀਂ ਸਕਦੇ। ਪਹਿਲਾਂ ਕਲੇਰ ਸਰਪੰਚ ਜਦੋਂ ਬਣਿਆ ਸੀ ਉਦੋਂ ਇੱਥੋਂ ਹਸਪਤਾਲ ਬਦਲਣ ਦੀ ਗੱਲ ਕਰੀ ਸੀ। ਉਹ ਕਹਿੰਦੇ ਹਸਪਤਾਲ ਰੱਖ ਸਕਦੇ, ਬਦਲ ਨਹੀਂ ਸਕਦੇ। ਇੱਥੇ ਜਿਹੜੇ ਇਹਨਾਂ ਨੂੰ ਅਸੀਂ ਇਹ ਆਖਿਆ ਵੀ ਜਿਹੜੀ ਸਾਡੀ ਡਿਸਪੈਂਸਰੀ ਇਹ ਨਾ ਚੱਕੀ ਜਾਵੇ, ਇੱਥੇ ਜਿੰਨੇ ਮੁਲਾਜ਼ਮ ਆ ਪੂਰੇ ਕਰੇ ਜਾਣ। ਪੰਚਾਇਤ ਨੇ ਇਹ ਗੱਲ ਕਹੀ ਵੀ ਆਹ ਦੁਕਾਨਾਂ ਬਣੀਆਂ ਮੈਂ ਪੰਚਾਇਤ ਘਰ 'ਚ ਜਾਂ ਹੋਰ ਜਗ੍ਹਾ ਉਹ ਦੇ ਦਿੰਦੇ ਆ। ਨਹੀਂ ਤੁਹਾਨੂੰ ਜਿੱਥੇ ਚੰਗੀ ਲੱਗਦੀ ਆ, ਜੇ ਗੌਰਮੈਂਟ ਕੋਲ ਪੈਸੇ ਨਹੀਂ ਅਸੀਂ ਬਣਵਾ ਕੇ ਦੇ ਦਿੰਦੇ ਆ ਵੀ ਸਾਡੀ ਇਹ ਬਣੀ ਵੀ ਚੀਜ਼ ਨਾ ਚੱਕੀ ਜਾਵੇ। ਤੇ ਉਦੋਂ ਬਾਅਦ ਜਦੋਂ ਇਹ ਗੱਲਾਂ ਹੋਈਆਂ, ਜਿਹੜੇ ਇਹਨਾਂ ਦੇ ਵਰਕਰ ਸਾਨੂੰ ਕਹਿੰਦੇ ਹੁੰਦੇ ਸੀ ਮਾਨ ਸਾਹਿਬ ਤੋਂ 25 ਬਿਸਤਰਿਆਂ ਦਾ ਹਸਪਤਾਲ ਮੰਗੋ। ਮੈਂ ਕਿਹਾ ਇਹਦੇ 'ਚ ਇਹ ਕੋਟੇ 'ਚ ਹੁੰਦਾ ਨਹੀਂ ਵੀ ਹੁਣ ਤੁਹਾਡੀ ਸਰਕਾਰ ਆ ਗਈ। ਇਹਨਾਂ ਦੇ ਵਰਕਰ ਕਹਿੰਦੇ ਵੀ ਸੀਗਾ ਜਿਹੜੀ ਸਰਪੰਚ ਨੇ ਗੱਲ ਕਹੀ ਵੀ ਤੁਸੀਂ 17 ਮੰਜਾ ਦਾ ਉਹ ਕਹਿੰਦੇ ਸੀ ਹਸਪਤਾਲ ਦੇਵਾਂਗੇ। ਇਹਨੂੰ ਕਹਿੰਦੇ ਝੂਠ ਬੋਲਦਾ। ਫਿਰ ਤਰਖੀ ਕਾ ਕੇ ਕਹਿੰਦਾ ਜੇ ਸਰਪੰਚ ਆਦਰੇ ਛਿੱਤਰ ਮਾਰ ਕੇ ਅੰਦਰ ਕੀਤਾ ਹੁੰਦਾ ਫਿਰ ਤੈਨੂੰ ਪਤਾ ਲੱਗਦਾ। ਇੱਕ ਨੂੰ ਬੋਲਿਆ ਫਿਰ ਪ੍ਰਸ਼ਾਸਨ ਨੇ ਇਹਨੂੰ ਗਾਹਾਂ ਨੂੰ ਕਰ ਲੈਣਾ ਸੀ, ਉਸ 'ਚ ਭੱਟ ਹੁੰਦੀ। ਬਿਲਕੁਲ। ਤਾਂ ਇਹ ਪੂਰੀ ਜਿਹੜੀ ਕਹਾਣੀ ਹੋਈ ਆ ਇੱਥੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇੱਥੇ ਕਾਫੀ ਲੋਕਾਂ ਦੇ ਵਿੱਚ ਰੋਹ ਆ, ਗੁੱਸਾ ਗਾ ਕਿ ਸਾਡੇ ਪਿੰਡ ਦੇ ਸਰਪੰਚ ਨੂੰ ਆਖਰ ਇੱਕ ਐਵੇਂ ਬੋਲ ਕਿਵੇਂ ਗਿਆ। ਜਿਹੜਾ ਵਿਰੋਧ ਸੀਗਾ ਉਸ ਵਿਰੋਧ ਦੇ ਵਿੱਚ ਭਦੌੜ ਹਲਕੇ ਦੇ ਵਿਧਾਇਕ ਇਹ ਕਹਿੰਦੇ ਨਜ਼ਰ ਆਏ ਨੇ ਕਿ ਤੇਰੇ ਥੱਪੜੇ ਮਾਰੇ ਜਾਣਗੇ, ਤੈਨੂੰ ਥੱਲੇ ਸੁੱਟਿਆ ਜਾਊਗਾ। ਉਹ ਕੱਲਾ ਸਰਪੰਚ ਦੇ ਥੱਪੜ ਨਹੀਂ ਵੱਜਿਆ ਜੀ ਵੀਰ ਜੀ, ਉਹ ਸਾਰੇ ਪਿੰਡ ਦੇ ਵੱਜ ਗਿਆ। ਉਹਨਾਂ ਨੇ ਬਹੁਤ ਗਲਤ ਕਰਿਆ। ਸਰਪੰਚ ਸਾਹਿਬ ਦੇ ਨਾਲ ਸਾਰਾ ਪਿੰਡ ਆ ਜੀ ਖੜਾ। ਮਹੱਲਾ ਕਲੀਨਿਕ ਚਾਹੁੰਦੇ ਹੋ ਪਿੰਡ ਦੇ ਵਿੱਚ? ਇਹ ਗੱਲ ਸਾਰੇ ਲੋਕ ਚਾਹੁੰਦੇ। ਸਾਡੇ ਹਸਪਤਾਲ ਸੀਗੇ ਬਣਿਆ ਵੱਡਾ ਹਸਪਤਾਲ ਚੱਕ ਕੇ ਸਰਪੰਚ ਸਾਹਿਬ ਕਹਿੰਦੇ ਸੀ ਇੱਥੇ ਸਾਨੂੰ ਜਗ੍ਹਾ ਦੇ ਦਿਓ, ਬਣੇ ਵੀ ਕਮਰੇ ਇੱਥੇ ਬਣਾ ਲਓ। ਉਹ ਤਾਂ ਇੱਕ ਜਿੱਦਬਾਜ਼ੀ ਵਾਲੀ ਗੱਲ ਹੈ ਜੀ। ਭਗਵੰਤ ਮਾਨ ਚ ਵਾਅਦਾ ਵੀ ਕਰਕੇ ਗਿਆ ਸੀ, ਕਹਿੰਦਾ ਮੈਂ 25 ਬਿਸਤਰਿਆਂ ਦਾ ਹਸਪਤਾਲ ਬਣਾਊਂ। ਇਹ ਵੀ ਸਟੇਜ ਤੇ ਬੋਲ ਕੇ ਗਿਆ ਸੀ। ਜੋ ਕੱਲ ਸਰਪੰਚ ਨੇ ਕਿਹਾ, ਕਹਿੰਦਾ ਇਹ ਕੀ ਕਰ ਰਹੇ ਹੋ? ਉਹ ਸਰਪੰਚ ਨੂੰ ਪੁੱਠਾ ਬੋਲਿਆ, ਕਹਿੰਦਾ ਤੇਰੇ ਮਾਰ ਕੇ ਲਫੇੜੇ ਤੈਨੂੰ ਅੰਦਰ ਛੱਡਿਆ ਵੇ, ਤੈਨੂੰ ਫੇਰ ਪਤਾ ਲੱਗੇ। ਇਹ ਕਹਿੰਦਾ ਜੀ ਇੱਥੇ ਫ੍ਰੀ ਟੈਸਟ ਹੋਇਆ ਕਰਨਗੇ। ਇਹਦੇ ਪਿੰਡ ਮਹੱਲਾ ਕਲੀਨਿਕ ਬਣਿਆ, ਜਾ ਕੇ ਪਹਿਲਾਂ ਉੱਥੇ ਦੇਖੋ ਵੀ ਉਹ ਕਿੰਨੇ ਕੁ ਟੈਸਟ ਹੁੰਦੇ ਆ। ਉੱਥੇ ਜਿੰਦਾ ਲੱਗਿਆ ਪਿਆ। ਜਿਹੜਾ ਮਾੜਾ ਮੋਟਾ ਇੱਥੇ ਗਰੀਬ ਜਨਤਾ ਨੂੰ ਸਹੂਲਤ ਮਿਲਦੀ ਸੀ ਉਹ ਵੀ ਗਈ।